ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅੱਜ ਦਾ ਵਿਸ਼ੇਸ਼ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਮਰੀਕਾ ਦੇ ਵਿੱਚ 2024 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਨਤੀਜਿਆਂ ਦਾ ਵਕਤ ਆ ਚੁੱਕਾ ਆ। ਜੁੜ ਚੁੱਕੇ ਨੇ ਮੇਰੇ ਨਾਲ ਅੱਜ ਇਹਨਾਂ ਇਲੈਕਸ਼ਨ ਦੇ ਨਤੀਜਿਆਂ ਨੂੰ ਲਾਈਵ ਤੁਹਾਡੇ ਨਾਲ ਦੱਸਣ ਦੇ ਲਈ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਇਲੈਕਸ਼ਨ ਰਿਜ਼ਲਟਸ ਡੇ ਆ ਤੇ ਸਾਡੇ ਮੁਲਕ ਦੇ ਵਿੱਚ ਕਿਹੜਾ ਪ੍ਰੈਜ਼ੀਡੈਂਟ ਬਣੂਗਾ, ਡੋਨਲਡ ਟਰੰਪ ਜਾਂ ਕਮਲਾ ਹੈਰਿਸ, ਤੇ ਨਾਲ ਦੀ ਨਾਲ ਬਹੁਤ ਸਾਰੀਆਂ ਹੋਰ ਇੰਪੋਰਟੈਂਟ ਰੇਸਿਸ ਹੈਗੀਆਂ। ਸੋ ਆਪਾਂ ਉਹ ਵੀ ਦੱਸਾਂਗੇ ਤੇ ਨਾਲ ਦੀ ਨਾਲ ਤੁਸੀਂ ਕਾਲਸ ਵੀ ਕਰ ਸਕਦੇ ਹੋ 408 272 5200 ਤੇ ਪੂਰੇ ਅਮਰੀਕਾ 'ਚ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਰੇਸ ਦੇ ਬਾਰੇ ਤੁਸੀਂ ਦੱਸਣਾ ਆ ਤੇ ਤੁਸੀਂ ਵੀ ਜਿਹੜਾ ਆ ਸਾਡੇ ਨਾਲ ਜਿਹੜਾ ਆ ਪਾਰਟਨਰ ਬਣ ਸਕਦੇ ਹੋ। ਬਿਲਕੁਲ, ਤੇ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਇਸ ਨਤੀਜਿਆਂ ਦੇ ਵਿੱਚ ਆਪਣਾ ਸਾਥ ਦੇਣ ਦੇ ਲਈ ਜੁੜ ਚੁੱਕੇ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਿਕ ਸਰੋਤਿਆਂ ਨੂੰ ਤੇ ਪੰਜਾਬੀ TV ਵੇਖ ਰਹੇ ਸਾਡੇ ਵਿਊਅਰਸ ਨੂੰ ਦਾ ਨਿੱਘਾ ਜੀ ਆਖਦੇ ਹਾਂ। ਤੇ ਸਰੋਤਿਓ ਤੇ ਵਿਊਅਰਸ ਨੂੰ ਅਸੀਂ ਦੱਸਦੇ ਜਾਏ ਕਿ ਹਰ ਵਾਰ ਅਸੀਂ ਇਲੈਕਸ਼ਨਸ ਦੇ ਵਿੱਚ ਜਿਹੜੀ ਅਮਰੀਕਾ ਦੀ ਇਲੈਕਸ਼ਨ ਹੁੰਦੀ ਆ ਉਹਦੇ ਵਿੱਚ ਅਸੀਂ ਇਹ ਤੁਹਾਨੂੰ ਤੱਕ ਲਾਈਵ ਜਾਣਕਾਰੀ ਪਹੁੰਚਾਉਂਦੇ ਹਾਂ ਕਿ ਕੀ ਹੋ ਰਿਹਾ, ਕਿਹੜਾ ਕੈਂਡੀਡੇਟ ਕਿਹੜੀ ਰੇਸ ਤੋਂ ਅੱਗੇ ਜਾ ਰਿਹਾ, ਕੌਣ ਬਣੇਗਾ ਇਸ ਵਾਰੀ ਪ੍ਰੈਜ਼ੀਡੈਂਟ। ਲਗਾਤਾਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੇ ਤੱਕ ਹਾਜ਼ਰ ਹੋਏ ਹਾਂ। ਬਿਲਕੁਲ ਹਰਜੋਤ ਸਿੰਘ ਜੀ, 4 ਸਾਲ ਬਾਈਡਨ ਹੈਰਿਸ ਪ੍ਰਸ਼ਾਸਨ ਦੇ ਸਾਰਿਆਂ ਨੇ ਜਿਹੜੇ ਉਹ ਦੇਖੇ। ਇਵੈਂਚੁਅਲੀ 2024 ਦੇ ਵਿੱਚ ਵੋਟਾਂ ਜਿਹੜੀਆਂ ਉਹ ਪਈਆਂ। ਸਾਬਕਾ ਰਾਸ਼ਟਰਪਤੀ 2020 ਦੇ ਵਿੱਚ ਜੋ ਬਣੇ ਸੀਗੇ ਡੋਨਲਡ ਟਰੰਪ, ਉਹ ਇਸ ਵਾਰ ਰਿਪਬਲਿਕਨ ਪਾਰਟੀ ਦੇ ਜਿਹੜੇ ਉਹ ਮੇਨ ਕੰਟੈਂਡਰ ਸੀਗੇ। ਉਹਨਾਂ ਦਾ ਨਾਮ ਜਿਹੜਾ ਉਹ ਆਇਆ। ਪਹਿਲਾਂ ਜਿਹੜਾ ਦੱਸਦੇ ਜਾਈਏ ਵੀ ਇਹਨਾਂ ਇਲੈਕਸ਼ਨਸ ਦੇ ਵਿੱਚ ਜਿਹੜਾ ਡੈਮੋਕ੍ਰੇਟ ਪਾਰਟੀ ਵੱਲੋਂ ਮੇਨ ਕੰਟੈਂਡਰ ਉਹ ਜੋ ਬਾਈਡਨ ਸੀ, ਜੋ ਮੌਜੂਦਾ ਰਾਸ਼ਟਰਪਤੀ ਆ। ਉਹਨਾਂ ਵਿਚਾਰਿਆਂ ਦੀ ਹੁਣ ਗੱਲ ਨਹੀਂ ਹੋ ਰਹੀ, ਉਹ ਵੱਖਰੀ ਗੱਲ ਆ। ਜਦ ਰਾਸ਼ਟਰਪਤੀ ਟਰੰਪ ਦੇ ਉੱਤੇ ਗੋਲੀ ਚੱਲਣ ਦੀ ਘਟਨਾ ਵਾਪਰਦੀ ਆ, ਉਸ ਤੋਂ ਕੁਛ ਇੱਕ ਵੀਕ ਬਾਅਦ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਉਹਨਾਂ ਦਾ ਨਾਮ ਜਿਹੜਾ ਆ ਉਹ ਵਾਪਸ ਲੈ ਲੈਂਦੇ ਆ। ਚਾਹੇ ਉਹਨਾਂ ਨੂੰ ਡੈਮੋਕ੍ਰੇਟ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਸੀਗਾ ਤੇ ਉਹ ਇੰਡੋਰਸ ਕਰ ਦਿੰਦੇ ਆ ਕਮਲਾ ਹੈਰਿਸ ਨੂੰ, ਮੌਜੂਦਾ ਉਪ ਰਾਸ਼ਟਰਪਤੀ ਨੂੰ। ਫਿਰ ਕਮਲਾ ਹੈਰਿਸ ਵਰਸਸ ਡੋਨਲਡ ਟਰੰਪ ਦਾ ਚੀਜ਼ ਜਿਹੜੀ ਉਹ ਆਪਣੇ ਸਾਹਮਣੇ ਆ ਜਾਂਦੀ ਆ। ਤੇ ਹੁਣ ਜੋ ਆਪਾਂ ਦੇਖ ਰਹੇ ਹਾਂ ਇਸ ਦੇ ਵਿੱਚ ਹਰਵਿੰਦਰ ਤੇ ਹਰਜੋਤ ਜੀ ਵੀ ਕਮਲਾ ਹੈਰਿਸ ਬਹੁਤ ਜ਼ਿਆਦਾ ਫੰਡ ਰੇਜ਼ਿੰਗ ਕਰਦੀ ਆ। $1 ਬਿਲੀਅਨ ਤੱਕ ਜਿਹੜੀ ਫੰਡ ਰੇਜ਼ਿੰਗ ਹੁੰਦੀ ਆ ਉਹਨਾਂ ਦੀ, ਤੇ ਉਹ ਕਹਿ ਸਕਦੇ ਆ ਵੀ ਉਹਨਾਂ ਨੇ ਟੱਕਰ ਜੀ ਜਿਹੜੀ ਉਸ ਦੇ ਵਿੱਚ ਦਿੱਤੀ ਆ। ਪਰ ਮੌਜੂਦਾ ਜਿਹੜੇ ਰੁਝਾਨ ਆ ਉਸ ਤੋਂ ਜੇ ਆਪਾਂ ਸ਼ੁਰੂਆਤ ਕਰਦੇ ਜਾਈਏ ਤਾਂ ਇਸ ਟਾਈਮ ਜੇ ਦੇਖਿਆ ਜਾਵੇ ਤਾਂ ਆਪਾਂ ਵੱਖ-ਵੱਖ ਸਟੇਟਸ ਦੇ ਨਾਲ ਤੁਹਾਨੂੰ ਵਾਹ ਵਾਸਤਾ ਕਰਾਉਂਦੇ ਹੋਏ ਜਾਂਦੇ ਆ। ਫਲੋਰੀਡਾ ਸਟੇਟ ਨੂੰ ਜਿਹੜਾ ਆ ਉਹ ਡੋਨਲਡ ਟਰੰਪ ਹੁਣਾਂ ਨੇ ਵਿਨ ਕਰ ਲਿਆ ਆ। ਸੋ 30 ਇਲੈਕਟਰਲ ਵੋਟਾਂ ਉੱਥੇ ਜਿਹੜੀਆਂ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਜਾ ਚੁੱਕੀਆਂ ਆ। ਇਸ ਮੌਕੇ 94% ਉੱਥੇ ਕਹਿੰਦੇ ਵੋਟਾਂ ਕਾਊਂਟ ਹੋ ਚੁੱਕੀਆਂ ਆ। ਜਿਹੜੀ ਐਸੋਸੀਏਟ ਪ੍ਰੈਸ ਆ ਉਹ ਦੱਸਦੀ ਆ। ਤੇ ਡੋਨਲਡ ਟਰੰਪ ਤਕਰੀਬਨ 1.5 ਮਿਲੀਅਨ ਵੋਟ ਦੇ ਨਾਲ ਉੱਥੇ ਅੱਗੇ ਨੇ। ਇਸੇ ਤਰੀਕੇ ਦੇ ਨਾਲ ਟੈਕਸਸ ਦੇ ਵਿੱਚ ਵੀ ਪ੍ਰੋਜੈਕਟ ਕੀਤਾ ਗਿਆ ਵੀ ਡੋਨਲਡ ਟਰੰਪ ਆਸਾਨੀ ਦੇ ਨਾਲ ਜਿੱਤ ਜਾਣਗੇ। ਮੌਜੂਦਾ ਤੌਰ ਦੇ ਉੱਤੇ 63% ਵੋਟਾਂ ਜਿਹੜੀਆਂ ਉੱਥੇ ਕਾਊਂਟ ਹੋਈਆਂ ਆ ਤੇ 1 ਮਿਲੀਅਨ ਦੀ ਤਕਰੀਬਨ ਉਹਨਾਂ ਦੀ ਇਸ ਦੇ ਵਿੱਚ ਅੱਗੇ ਹੈਗੇ ਆ। ਇਲੀਨੋਇਸ ਦੇ ਵਿੱਚ 19 ਇਲੈਕਟਰਲ, ਟੈਕਸਸ ਦੀਆਂ ਦੱਸਦੇ ਜਾਈਏ 40 ਇਲੈਕਟਰਲ ਵੋਟਾਂ ਬਣਦੀਆਂ ਆ। ਇਸੇ ਤਰੀਕੇ ਨਾਲ ਇਲੀਨੋਇਸ ਦੇ ਵਿੱਚ 19 ਇਲੈਕਟਰਲ ਵੋਟਾਂ ਦੇ ਲਈ ਕਮਲਾ ਹੈਰਿਸ ਨੂੰ ਪ੍ਰੋਜੈਕਟਡ ਵਿਨਰ ਜਿਹੜਾ ਆ ਉਹ ਉੱਥੇ ਦੱਸਿਆ ਗਿਆ ਆ। 5 ਲੱਖ ਦੀ ਉਹ ਲੀਡ ਦੇ ਵਿੱਚ ਇਸ ਟਾਈਮ ਚੱਲ ਰਹੇ ਆ ਤੇ 50% ਤਕਰੀਬਨ ਵੋਟਾਂ ਕਾਊਂਟ ਹੋਈਆਂ। ਓਵਰਆਲ ਆਂਕੜਿਆਂ ਦੇ ਉੱਤੇ ਨਜ਼ਰ ਮਾਰੀਏ 99 ਕਮਲਾ ਹੈਰਿਸ ਤੇ ਡੋਨਲਡ ਟਰੰਪ 178 ਜਿਹੜੀਆਂ ਆ ਉਹ ਇਲੈਕਟਰਲ ਵੋਟਾਂ ਦੇ ਨਾਲ ਹਾਲ ਦੀ ਘੜੀ ਲੀਡ ਕਰ ਰਹੇ ਨੇ। ਤੇ ਇਹ ਦੱਸਦੇ ਜਾਈਏ ਵੀ ਜਿੰਨੀਆਂ ਵੀ ਬੈਟਲ ਗਰਾਊਂਡ ਸਟੇਟਸ ਆ ਉਹਨਾਂ ਦਾ ਅਜੇ ਕੋਈ ਵੀ ਕਹਿ ਸਕਦੇ ਵੀ
ਪੱਕੇ ਤੌਰ ਦੇ ਉੱਤੇ ਕੋਈ ਫੈਸਲਾ ਅਜੇ ਨਹੀਂ ਆਇਆ ਹੈਗਾ, ਪਰ ਬਹੁਤ ਸਾਰੇ ਥਾਵਾਂ ਦੇ ਉੱਤੇ ਟਰੰਪ ਤੇ ਹੈਰਿਸ ਕਹਿ ਸਕਦੇ ਹਾਂ ਵੀ ਉਹ ਆਪੋ ਆਪਣੇ ਪੱਧਰ ਦੇ ਉੱਤੇ ਲੀਡ ਕਰ ਰਹੇ ਆ। ਵਾਇਓਮਿੰਗ, ਸਾਊਥ ਡਕੋਟਾ, ਨਾਰਥ ਡਕੋਟਾ, ਇੱਥੇ ਜਿਹੜੀ ਆਲਰੇਡੀ ਟਰੰਪ ਹੁਣੀ ਜਿੱਤ ਚੁੱਕੇ ਆ। ਸ਼ੁਰੂਆਤ ਜਿਹੜੀ ਆ ਉਹ ਟਰੰਪ ਹੁਣਾਂ ਨੇ ਇੰਡੀਆਨਾ, ਓਹਾਇਓ, ਇੰਡੀਆਨਾ, ਕੈਂਟਕੀ ਤੇ ਵੈਸਟ ਵਰਜੀਨੀਆ ਨੂੰ ਜਿੱਤ ਕੇ ਕੀਤੀ, ਤੇ ਜਦ ਕਿ ਉਹਨਾਂ ਨੇ ਦੂਜੇ ਪਾਸੇ ਜਿਹੜੇ ਵਰਮੌਂਟ ਨੂੰ ਜਿੱਤ ਕੇ ਜਿਹੜੀ ਆ ਕਮਲਾ ਹੈਰਿਸ ਨੇ ਸ਼ੁਰੂਆਤ ਕੀਤੀ ਸੀ। ਪੋਪੂਲਰ ਵੋਟਸ ਦੇ ਵਿੱਚ 29 ਮਿਲੀਅਨ ਵੋਟ ਕਮਲਾ ਹੈਰਿਸ ਤੇ 33 ਮਿਲੀਅਨ ਵੋਟ ਹਾਲ ਦੀ ਘੜੀ ਟਰੰਪ ਉਹਨਾਂ ਦੇ ਖਾਤੇ ਦੇ ਵਿੱਚ ਆ। ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ, ਨਵਾਡਾ, ਆਈਡਾਹੋ, ਮੌਂਟਾਨਾ, ਯੂਟਾ, ਐਰੀਜ਼ੋਨਾ, ਇੱਥੇ ਅਜੇ ਕਾਊਂਟਿੰਗ ਸ਼ੁਰੂ ਨਹੀਂ ਹੋਈ। ਬਿਲਕੁਲ ਰਾਜਕਨ ਤੇ ਹਰਵਿੰਦਰ ਜੀ, ਸੋ ਜੇ ਥੋੜੀ ਜਿਹੀ ਅਪਡੇਟ ਕਰਦੇ ਜਾਈਏ, ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਹੈਗਾ, ਜਿਹੜੇ ਟੋਟਲ ਇਲੈਕਟੋਰਲ ਵੋਟਸ ਕਮਲਾ ਹੈਰਿਸ ਦੇ ਕੋਲ ਇਸ ਟਾਈਮ 99 ਆ, ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕੋਲ 178 ਆ। ਜਿੰਨੀਆਂ ਵੋਟਸ ਹੁਣ ਤੱਕ ਕਾਊਂਟ ਹੋਈਆਂ 33 ਮਿਲੀਅਨ 2,79,626 ਵੋਟਾਂ ਟਰੰਪ ਉਹਨਾਂ ਦੇ ਕੋਲ ਆ, ਤੇ 29 ਮਿਲੀਅਨ 8,15,242 ਕਮਲਾ ਹੈਰਿਸ ਉਹਨਾਂ ਦੇ ਕੋਲ ਆ। ਕਮਲਾ ਹੈਰਿਸ ਕੋਲ 99 ਜੋ ਇਲੈਕਟੋਰਲ ਵੋਟਸ ਆ ਉਹ ਘੱਟ ਇਸ ਕਰਕੇ ਆ ਕਿਉਂਕਿ ਕੈਲੀਫੋਰਨੀਆ, ਓਰੇਗਨ ਤੇ ਵਾਸ਼ਿੰਗਟਨ ਇਹ ਕੁੱਲ ਮਿਲਾ ਕੇ 70 ਦੇ ਕਰੀਬ ਆਣੀ ਹੈ, ਇੱਕਦਮ ਹੀ ਘੱਟ ਉਹ ਜਿਹੜਾ ਬੰਪ ਹੋਣਾ ਹੈਗਾ ਜੰਪ ਲੱਗਣਾ ਜੀ। ਸੋ ਓਵਰਆਲ ਜੇ ਦੇਖਿਆ ਜਾਵੇ ਹਜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਹੱਥ ਜਿਹੜਾ ਆ ਉਹ ਉੱਪਰ ਲੱਗਦਾ ਹੈਗਾ ਜੀ। ਇਹ ਤਕਰੀਬਨ ਇੱਕ ਚੀਜ਼ ਇਹ ਜੀ ਦੇਖਣ ਵਾਲੀ ਆ ਜੀ। ਹਾਂਜੀ ਹਰਵਿੰਦਰ ਜੀ ਬੋਲੋ ਜੀ। ਸੋ ਫਾਰ ਜੀ, ਸੋ ਇਹਦੇ ਚ ਇੱਕ ਚੀਜ਼ ਇਹ ਆ ਕਿ ਸੋ ਫਾਰ ਜੇ ਅਸੀਂ ਰਿਜ਼ਲਟਸ ਦੇਖੀਏ ਤੇ ਐਕਸਪੈਕਟਡ ਜਿੱਦਾਂ ਆਪਾਂ ਕਹਿ ਸਕਦੇ ਹਾਂ ਉਸ ਰੇਂਜ ਦੇ ਵਿੱਚ ਹੀ ਆ, ਪਰ ਇਹ ਚੀਜ਼ ਜ਼ਰੂਰ ਆ ਕਿ ਟੈਕਸਸ ਦੇ ਵਿੱਚ ਜਿਸ ਤਰ੍ਹਾਂ ਪਿਛਲੀ ਵਾਰ ਕਈ ਲੋਕ ਇਹ ਕਹਿ ਰਹੇ ਸੀ ਕਿ ਸ਼ਾਇਦ ਇਸ ਵਾਰ ਜਿਹੜਾ ਟੈਕਸਸ ਆ ਉਹਦੇ ਵਿੱਚ ਕਾਫੀ ਫਸਵੀਂ ਟੱਕਰ ਹੋਏ, ਪਰ ਇਹਦੇ ਵਿੱਚ ਆਪਾਂ ਇਹ ਦੇਖਿਆ ਕਿ ਡੋਨਾਲਡ ਟਰੰਪ ਹੁਣੀ ਆਸਾਨੀ ਨਾਲ ਹੀ ਉੱਥੋਂ ਜਿੱਤ ਜਾਂਦੇ ਆ ਹਨਾ। ਪਰ ਜਿੱਦਾਂ ਤੁਸੀਂ ਬਾਕੀ ਸਟੇਟਸ ਦੇ ਨਾਲ ਆਏ, ਸਾਊਥ ਕੈਰੋਲਾਈਨਾ, ਟੈਨੇਸੀ, ਕੈਂਟਕੀ, ਓਹਾਇਓ, ਐਲਾਬਾਮਾ, ਆਰਕੈਂਸਾ, ਹਨਾ, ਓਕਲਾਹਾਮਾ, ਉਹ ਜਿਹੜੀਆਂ ਸਟੇਟਸ ਹੈਗੀਆਂ ਉਹ ਡੀਪ ਰੈਡ ਸਟੇਟਸ ਆ। ਸੋ ਉਹਨਾਂ ਦੇ ਵਿੱਚ ਡੋਨਾਲਡ ਟਰੰਪ ਜਿਹੜੇ ਆ ਉਹ ਅੱਗੇ ਉਹਨਾਂ ਦੀ ਐਕਸਪੈਕਟਡ ਹੀ ਸੀ ਜੀ ਜੀ ਹਾਲ ਦੀ ਘੜੀ। ਇਹ ਕਹਿ ਜਾ ਰਹੇ, ਮੈਂ ਆਨਲਾਈਨ ਦੇਖਦਾ ਸੀ ਜਿੰਨੇ ਵੀ ਨਿਊਜ਼ ਦੇ ਵਿੱਚ ਚੱਲ ਰਹੇ ਹੋਏ, ਕਹਿੰਦੇ ਕਿ ਇਹ ਟਰੰਪ ਉਹਨਾਂ ਦੇ ਜਿਹੜੇ ਸੋ ਫਾਰ ਰਿਜ਼ਲਟ ਆਫ ਬੈਟਰ ਦੈਨ ਐਕਸਪੈਕਟਡ ਆ ਇਨ ਟਰਮਸ ਆਫ ਕਾਊਂਟ, ਵੋਟ ਕਾਊਂਟ ਐਸ ਵੈਲ। ਜੀ ਜੀ, ਸੋ ਬਿਲਕੁਲ ਨਾਲ ਦੀ ਨਾਲ ਆਪਣੇ ਰਾਜਕਨਵੀਰ ਸਿੰਘ ਜੀ ਇੰਟਰਨੈਟ ਜ਼ਰੂਰ ਚੈੱਕ ਕਰਿਓ, ਵਿੱਚ ਕਿਤੇ ਕਿਤੇ ਆਵਾਜ਼ ਘੱਟ ਹੁੰਦੀ ਆ। ਜਿਹੜੀਆਂ ਸਟੇਟਾਂ ਦੱਸਦੇ ਜਾਈਏ, ਨਾਰਥ ਡਕੋਟਾ, ਸਾਊਥ ਡਕੋਟਾ, ਨੇਬਰਾਸਕਾ, ਵਾਇਓਮਿੰਗ, ਓਕਲਾਹੋਮਾ, ਟੈਕਸਸ, ਅਰਕਨਸਾ, ਲੂਜ਼ੀਆਨਾ, ਮਿਸੀਸਿਪੀ, ਐਲਬਾਮਾ, ਟੈਨਸੀ, ਕੰਟਕੀ, ਇੰਡੀਆਨਾ, ਓਹਾਇਓ ਤੇ ਸਾਊਥ ਕੈਰੋਲੀਨਾ ਤੇ ਫਲੋਰੀਡਾ, ਇਹ ਸਟੇਟਾਂ ਜਿਹੜੀਆਂ ਆ ਟਰੰਪ ਹੁਣੀ ਜਿੱਤ ਗਏ ਹੈਗੇ ਆ। ਤੇ ਦੂਸਰੇ ਪਾਸੇ ਜੇ ਕਮਲਾ ਹੈਰਿਸ ਉਹਨਾਂ ਦਾ ਦੇਖਿਆ ਜਾਵੇ, ਨਿਊਯਾਰਕ ਤੇ ਇਲੀਨੋਇਸ ਤੇ ਇਸ ਤੋਂ ਬਿਨਾਂ ਬਰਮੌਂਟ, ਮੈਸਾਚੂਸੇਟਸ, ਕਨੈਟੀਕਟ, ਨਿਊ ਜਰਸੀ, ਡੈਲਾਵੇਅਰ, ਮੈਰੀਲੈਂਡ, ਇਹ ਜਿਹੜੀਆਂ ਸਟੇਟਾਂ ਉਹ ਜਿੱਤ ਚੁੱਕੇ ਹੈਗੇ ਆ। ਜੇ ਜਿਹੜੀਆਂ ਸਟੇਟਾਂ 'ਚ ਆਪਾਂ ਇਹ ਦੱਸਦੇ ਜਾਈਏ ਕੌਣ ਕੌਣ ਅੱਗੇ ਆ, ਵਿਸਕੌਨਸਨ 'ਚ, ਮਿਸ਼ੀਗਨ 'ਚ, ਆਇਓਵਾ 'ਚ, ਮਜ਼ੂਰੀ 'ਚ ਤੇ ਕੋਲੋਰਾਡੋ 'ਚ ਕਮਲਾ ਹੈਰਿਸ ਅੱਗੇ ਜਾ ਰਹੀ ਆ। ਤੇ ਪ੍ਰੈਜ਼ੀਡੈਂਟ ਟਰੰਪ ਹੋਣੀ ਆ ਜੋ ਮਿਨੇਸੋਟਾ 'ਚ, ਕੈਂਸਸ, ਨਿਊ ਮੈਕਸੀਕੋ, ਜਾਰਜੀਆ, ਨਾਰਥ ਕੈਰੋਲੀਨਾ ਤੇ ਵਰਜੀਨੀਆ 'ਚ ਸੋ ਫਾਰ ਅੱਗੇ ਜਾ ਰਹੇ ਹੈਗੇ ਆ ਜੀ। ਬਿਲਕੁਲ ਨਾਲ ਨਾਲ ਜੀ ਹੁਣੇ ਜਿਹੜੀ ਖਬਰ ਸਾਹਮਣੇ ਆਈ ਕਿ ਕੈਂਸਸ ਦੇ ਵਿੱਚ ਜਿੱਥੇ ਕਮਲਾ ਹੈਰਿਸ ਅੱਗੇ ਜਾ ਰਹੇ ਸੀ ਉਹ ਇੱਕੋ ਦਮ ਰੈੱਡ ਫਲਿਪ ਹੋਈ ਆ। ਬਹੁਤ ਥੋੜੀਆਂ ਵੋਟਾਂ ਦਾ ਫਰਕ, ਤਕਰੀਬਨ 5,000 ਦੀ ਵੋਟਾਂ ਦੇ ਫਰਕ ਦੇ ਨਾਲ ਹੁਣ ਉੱਥੋਂ ਡੋਨਾਲਡ ਟਰੰਪ ਚੱਲ ਰਹੇ ਆ ਜੀ। ਤੇ ਨਾਲ ਦੀ ਨਾਲ ਆਪਾਂ ਕੁਝ ਸੈਨੇਟ ਦੀਆਂ ਰੇਸਿਸ ਆ ਉਹ ਵੀ ਦੱਸਦੇ ਜਾਵਾਂਗੇ। ਫਲੋਰੀਡਾ ਦੇ ਵਿੱਚ ਰਿਕ ਸਕਾਟ ਜੋ ਰਿਪਬਲਿਕਨ ਆ ਉਹ ਈਜ਼ਲੀ ਜਿੱਤ ਗਏ ਹੈਗੇ ਆ। ਮੈਰੀਲੈਂਡ 'ਚ ਐਂਜਲਾ ਅਲੋਸੋ ਬਰੁਕਸ ਉਹ ਡੈਮੋਕ੍ਰੇਟ ਆ, ਉਹ ਜਿੱਤ ਗਏ ਹੈਗੇ ਆ। 18 ਜਿਹੜੀਆਂ ਅਜੇ ਵੀ ਜਿਹੜੀਆਂ ਸੈਨੇਟ ਦੀਆਂ ਸੀਟਾਂ ਆ ਉਹਨਾਂ ਦਾ ਰਿਜ਼ਲਟ ਜਿਹੜਾ ਹੋਣਾ ਬਾਕੀ ਆ, ਕਾਲ ਕਰਨੀਆਂ ਜਿਹੜੀਆਂ ਉਹ ਬਾਕੀ ਆ। 36 ਇਸ ਟਾਈਮ ਡੈਮੋਕ੍ਰੇਟਸ ਤੇ 46 ਜਿਹੜੇ ਆ ਸੈਨੇਟ ਦੇ ਵਿੱਚ
ਉਹ ਰਿਪਬਲਿਕਨਸ ਇਸ ਟਾਈਮ ਲੀਡ ਲੈ ਕੇ ਅੱਗੇ ਚੱਲ ਰਹੇ ਆ। ਸੋ ਲੱਗਦਾ ਆ ਵੀ ਪ੍ਰੈਜ਼ੀਡੈਂਸ਼ੀਅਲ ਦਾ ਤੇ ਚਲੋ ਅਜੇ ਕਾਫੀ ਵਕਤ ਲੱਗ ਜਾਣਾ ਪੂਰੇ ਰਿਜ਼ਲਟ ਆਉਂਦਿਆਂ ਨੂੰ, ਪਰ ਇੱਥੇ ਜਿਹੜਾ ਸੈਨੇਟ ਆ ਉਹ ਫਲਿਪ ਹੁੰਦੀ ਨਜ਼ਰ ਆ ਰਹੀ ਆ। ਵੈਸਟ ਵਰਜੀਨੀਆ ਦੇ ਵਿੱਚ ਜੋ ਮੈਂਸ਼ਨ ਹੁੰਦੇ ਸੀਗੇ ਇੱਕ ਟਾਈਮ ਦੇ ਉੱਤੇ ਇਹਨਾਂ ਦੇ ਜਿਹੜੇ ਸੈਨੇਟਰ ਡੈਮੋਕ੍ਰੇਟ ਪਾਰਟੀ ਦੇ, ਪਰ ਉਹ ਇਸ ਵਾਰ ਰੀਰਨ ਨਹੀਂ ਸੀ ਕਰ ਰਹੇ। ਉਹਨਾਂ ਦੀ ਥਾਂ ਦੇ ਉੱਤੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਵੀ ਸੀਗੇ ਉਹ ਇਸ ਟਾਈਮ ਹਾਰ ਰਹੇ ਆ। ਸੋ ਉਹ ਹਾਰ ਚੁੱਕੇ ਆ ਤੇ ਇਨਫੈਕਟ ਜਿਹੜੇ ਜਿਮ ਜਸਟਿਸ ਉਹਨਾਂ ਦੀ ਜਿਹੜੀ ਉਹ ਤੇ ਆਲਰੇਡੀ ਉਹਨਾਂ ਨੂੰ ਜੇਤੂ ਡਿਕਲੇਅਰ ਕਰ ਦਿੱਤਾ ਗਿਆ। ਗਲੈਨ ਐਲੀਅਟ ਸੀਗੇ ਡੈਮੋਕ੍ਰੇਟ ਪਾਰਟੀ ਵੱਲੋਂ, ਤੇ ਸਾਬਕਾ ਜਿਹੜੇ ਗਵਰਨਰ ਜੀਓਪੀ ਦੇ ਵੱਲੋਂ ਜਿਮ ਜਸਟਿਸ ਆ, ਉਹਨਾਂ ਨੇ ਵੈਸਟ ਵਰਜੀਨੀਆ ਦੇ ਵਿੱਚ ਜਿਹੜੀ ਸੈਨੇਟ ਦੀ ਸੀਟ ਆ ਉਸ ਨੂੰ ਫਲਿਪ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਤੇ ਓਵਰਆਲ ਜਿਹੜਾ ਨਾਲ ਦੱਸਦੇ ਜਾਈਏ, ਫਲੋਰੀਡਾ ਦੇ ਵਿੱਚ ਜਿਹੜਾ ਅਬੋਰਸ਼ਨ ਦਾ ਜਿਹੜਾ ਮੁੱਦਾ ਆ ਉਸ ਨੂੰ ਜਿਹੜੀ ਇਸ ਟਾਈਮ ਹਾਰ ਮਿਲੀ ਹੈਗੀ ਆ। 60% ਵੋਟਾਂ ਚਾਹੀਦੀਆਂ ਸੀਗੀਆਂ 6 ਵੀਕ ਦੇ ਅਬੋਰਸ਼ਨ ਨੂੰ ਰੱਦ ਜਿਹੜਾ ਉਹ ਕਰਨ ਦੇ ਲਈ। ਰਾਈਟ ਟੂ ਅਬੋਰਸ਼ਨ ਜਿਹੜਾ ਮੈਜਰ ਆ ਉਹ ਫਲੋਰੀਡਾ ਦੇ ਵਿੱਚ ਸੀਗਾ ਬੈਲਟ ਦੇ ਉੱਤੇ। ਉੱਥੋਂ ਦੇ ਲੋਕਾਂ ਨੇ 57% ਜਿਹੜੀਆਂ ਵੋਟਾਂ ਰਾਈਟ ਟੂ ਅਬੋਰਸ਼ਨ ਦੇ ਹੱਕ ਦੇ ਵਿੱਚ ਪਾਈਆਂ ਆ। 60% ਦੇ ਉਸ ਬ੍ਰੇਕ ਥਰੂ ਮਾਰਕਰ ਤੋਂ ਉਹ ਪਿੱਛੇ ਰਹਿ ਗਏ ਆ, ਜਿਸ ਦੇ ਨਾਲ ਸਾਊਥ ਦੀ ਇਸ ਫਲੋਰੀਡਾ ਸਟੇਟ ਦੇ ਵਿੱਚ ਅਬੋਰਸ਼ਨ 6 ਵੀਕ ਤੱਕ ਹੀ ਜਿਹੜਾ ਆ ਉਹ ਹੁਣ ਸੀਮਤ ਰਹੇਗਾ। ਫਲੋਰੀਡਾ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਮਿਆਮੀ ਡੇਡ ਕਾਉਂਟੀ ਸੀਗੀ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਚੇਂਜ ਹੋਈ ਹੈਗੀ ਆ। ਮਿਆਮੀ ਡੇਡ ਇੱਕ ਟਾਈਮ ਦੇ ਉੱਤੇ ਡੈਮੋਕ੍ਰੇਟਾਂ ਦਾ ਜਿਹੜਾ ਉਹ ਧੁਰਾ ਮੰਨਿਆ ਜਾਂਦਾ ਸੀ। ਪਿਛਲੀ ਵਾਰ ਜੋ ਬਾਈਡਨ ਤਕਰੀਬਨ 54% ਉੱਥੇ ਵੋਟ ਲੈ ਗਏ ਸੀਗੇ, ਪਰ ਇਸ ਵਾਰ ਕਮਲਾ ਹੈਰਿਸ ਮਹਿਜ 43-44% ਹੀ ਉੱਥੇ ਵੋਟਾਂ ਲੈਣ ਦੇ ਵਿੱਚ ਜਿਹੜੀ ਉਹ ਕਾਮਯਾਬ ਜਿਹੜੀ ਉਹ ਰਹੀ ਆ। ਸੋ ਵੱਡੇ ਜਿਹੜੇ ਇੱਥੇ ਇਸ ਟਾਈਮ ਫਰਕ ਦੇ ਨਾਲ ਫਲੋਰੀਡਾ ਦੇ ਵਿੱਚ ਜਿਹੜੇ ਡੋਨਲਡ ਟਰੰਪ ਆ ਉਹਨਾਂ ਦੀ ਜਿਹੜੀ ਉੱਥੇ ਜਿੱਤ ਹੋ ਚੁੱਕੀ ਹੈਗੀ ਹੈ। 1.5 ਮਿਲੀਅਨ ਤੋਂ ਵੱਧ ਵੋਟ ਦੇ ਨਾਲ ਅਜੇ ਵੀ ਉਹ ਲੀਡ ਜਿਹੜਾ ਉਹ ਕਰ ਰਹੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ 8 ਵਜੇ ਤੱਕ ਵੋਟਾਂ ਪੈਣੀਆਂ ਆ ਤੇ ਜਿਹੜੇ ਲਾਈਨ 'ਚ ਲੱਗ ਗਿਆ, ਜੇ 8 ਤੋਂ ਵੱਧ ਵੀ ਟਾਈਮ ਹੋ ਗਿਆ ਤੇ ਉਹਨਾਂ ਦੀ ਵੋਟ ਪਊਗੀ। ਆਪਣੇ ਪੰਜਾਬੀ ਰੇਡੀਓ ਯੂਐਸਏ ਦੇ ਹੋਸਟ ਜਗਤਾਰ ਸਿੰਘ ਗਿੱਲ ਲਾਈਨ 'ਚ ਲੱਗੇ ਹੋਏ ਆ ਫਰੀਮੌਂਟ 'ਚ, ਤੇ ਉਹਨਾਂ ਨੇ ਮੈਨੂੰ ਵੀਡੀਓ ਵੀ ਭੇਜੀ ਆ। ਕਾਫੀ ਲੰਮੀ ਲਾਈਨ ਇਸ ਟਾਈਮ ਘੱਟੋ ਘੱਟ 50 ਜਾਣਿਆਂ ਦੀ ਲੱਗੀ ਹੋਈ ਹੈਗੀ ਆ। ਸੋ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਇੰਟਰਸਟ ਬਹੁਤ ਜ਼ਿਆਦਾ ਜਿਹੜਾ ਬਣਿਆ ਹੋਇਆ ਹੈਗਾ। ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਕਮੈਂਟ ਵੀ ਕਰ ਰਹੇ ਹੈਗੇ ਕਿ ਇਹਨੂੰ ਵੋਟ ਪਾ ਰਹੇ ਆ, ਤੇ ਤੁਸੀਂ ਕਾਲਸ ਵੀ ਕਰ ਸਕਦੇ ਆ। ਵੱਖ-ਵੱਖ ਇਲੈਕਸ਼ਨਸ ਮੋਸਟਲੀ ਜਿਹੜੀਆਂ 8 ਵਜੇ ਤੋਂ ਬਾਅਦ ਜਿਹੜੀਆਂ ਆ ਬਾਕੀ ਦੀਆਂ, ਚਾਹੇ ਉਹ ਸੈਨੇਟ ਦੀਆਂ ਆ ਜਾਂ ਕਾਂਗਰਸ ਦੀਆਂ ਹੈਗੀਆਂ ਆ, ਲੋਕਲ ਮੇਅਰ ਦੀਆਂ, ਉਹ ਆਪਾਂ ਤੁਹਾਡੇ ਨਾਲ ਦੀ ਨਾਲ ਅਪਡੇਟ ਕਰਦੇ ਰਹਾਂਗੇ। ਪਰ ਤੁਸੀਂ ਵੀ ਜ਼ਰੂਰ ਸਾਨੂੰ ਆਪਣੇ ਏਰੀਏ ਦੀ ਕੋਈ ਇੰਪੋਰਟੈਂਟ ਪ੍ਰੋਪੋਜੀਸ਼ਨ ਆ, ਇੰਪੋਰਟੈਂਟ ਲੋਕਲ ਇਲੈਕਸ਼ਨ ਆ, ਉਹ ਵੀ ਤੁਸੀਂ ਕਾਲ ਕਰਕੇ 408-272-5200 ਤੇ ਸਾਂਝੇ ਕਰ ਸਕਦੇ ਹੋ। ਆਪਣੇ ਬਿਆਨ ਵੀ ਸਾਂਝੇ ਕਰ ਸਕਦੇ ਹੋ ਤਾਂ ਕਿ ਸਾਨੂੰ ਵੀ ਥੋੜਾ ਜਿਹੜਾ ਸਾਹ ਆ ਉਹ ਮਿਲਦਾ ਰਹੂਗਾ। ਜੀ ਬਿਲਕੁਲ। ਤੇ ਆਪਣੇ ਨਾਲ ਜਿੱਦਾਂ ਆਪਾਂ ਜਾਣਦੇ ਹਾਂ ਵੀ ਹਰਵਿੰਦਰ ਵੀ ਜਿਹੜੇ ਉਹ ਜੁੜੇ ਹੋਏ ਨੇ। ਸੋ ਹਰਵਿੰਦਰ, ਤੁਸੀਂ ਪਿਚਨ ਕਰਨਾ ਚਾਹੁੰਦੇ ਆ? ਜੀ, ਮੈਂ ਨਾਲ ਦੀ ਨਾਲ ਇਹ ਦੱਸਦੇ ਜਾਵਾਂ ਕਿ ਹਾਊਸ ਦੀ ਵੀ ਜਿਹੜੀ ਗਿਣਤੀ ਹੈ ਇਸ ਟਾਈਮ ਦੇ ਉੱਤੇ, ਉਹਦੇ ਵਿੱਚ ਵੀ ਡੈਮੋਕ੍ਰੇਟ 73 ਦੇ ਉੱਤੇ ਚੱਲ ਰਹੇ ਆ, 73 ਦੇ ਉੱਤੇ, ਤੇ ਜਿਹੜੇ ਜੀਓਪੀ ਆ ਉਹ 103 ਦੇ ਉੱਤੇ, ਹੁਣ 104 ਦੇ ਉੱਪਰ ਚੱਲ ਰਹੀ ਆ। ਸੋ ਉਹਨਾਂ ਇੱਕ ਸੀਟ ਜਿਹੜੀ ਆ ਉਹ ਗੇਨ ਕੀਤੀ ਆ ਸੋ ਫਾਰ, ਤੇ ਜਿਹੜੇ ਡੈਮੋਕ੍ਰੇਟ ਆ ਉਹਨਾਂ ਇੱਕ ਸੀਟ ਲੂਜ਼ ਕੀਤੀ ਆ। 218 ਦੀ ਜਿਹੜੀ ਮੈਜੋਰਿਟੀ ਆ ਹਾਊਸ ਦੇ ਵਾਸਤੇ ਚਾਹੀਦੀ ਆ। ਤੇ ਨਾਲ ਦੀ ਨਾਲ ਜਿਹੜੇ ਕੁਝ ਸਟੇਟਸ ਹੈਗੇ ਆ ਉਹਨਾਂ ਦੇ ਗਵਰਨਰ ਦੀ ਇਲੈਕਸ਼ਨ ਵੀ ਇਹਦੇ ਵਿੱਚ ਹੈਗੀ ਸੀ। ਨਾਰਥ ਕੈਰੋਲਾਈਨਾ ਦੇ ਵਿੱਚ ਡੈਮੋਕ੍ਰੇਟ ਜੋਸ਼ ਸਟੀਨ ਉਹ ਜਿੱਤ ਚੁੱਕੇ ਨੇ। ਇਹ ਤੋਂ ਇਲਾਵਾ ਮਿਜ਼ੂਰੀ ਦੇ ਵਿੱਚ ਮਾਈਕ ਕੇਹੋ, ਤੇ ਨਾਰਥ ਡੈਕੋਟਾ ਦੇ ਵਿੱਚ ਕੈਲੀ ਆਰਮਸਟਰੋਂਗ ਜਿਹੜੇ ਕਿ ਜੀਓਪੀ ਪਾਰਟੀ ਦੇ, ਰਿਪਬਲਿਕਨ ਪਾਰਟੀ ਦੇ ਆ, ਉਹ ਜਿੱਤ ਚੁੱਕੇ ਆ। ਵਿੱਚ ਪੈਟਰਿਕ ਜਿਹੜੇ ਕਿ ਰਿਪਬਲਿਕਨ ਪਾਰਟੀ ਦੇ ਆ ਉਹ ਜਿੱਤੇ ਆ, ਤੇ ਵਰਮੌਂਟ ਦੇ ਵਿੱਚ ਫਿਲ ਸਕਾਟ ਵੀ ਰਿਪਬਲਿਕਨ ਪਾਰਟੀ ਚੋਂ ਜਿੱਤ ਚੁੱਕੇ ਆ। ਸੋ ਇਹਦੇ ਨਾਲ ਦੀ ਨਾਲ ਜਿਹੜੀ ਯੂਟਾ ਹੈਗਾ ਤੇ ਮੌਂਟਾਨਾ ਤੇ ਵਾਸ਼ਿੰਗਟਨ ਸਟੇਟ ਆ, ਉਹਨਾਂ ਦੇ ਜਿਹੜੇ ਗਵਰਨਰ ਦੇ ਰਿਜ਼ਲਟ ਆ ਉਹ ਵੀ 8 ਵਜੇ ਤੋਂ ਬਾਅਦ ਅਸੀਂ ਆਪਣੇ ਸਰੋਤੇ ਦੇ ਵਿਊਅਰਸ ਨਾਲ ਸ਼ੇਅਰ ਕਰਾਂਗੇ। ਜੀ, ਕੋਲੋਰਾਡੋ ਸਟੇਟ ਜਿਹੜੀ ਆ ਉਹ ਪ੍ਰੋਜੈਕਟ ਕਰ ਦਿੱਤੀ ਗਈ ਆ ਕਮਲਾ ਹੈਰਿਸ ਉਹਨਾਂ ਨੂੰ। ਉਹ 10 ਇਲੈਕਟੋਰਲ ਵੋਟਸ ਉਹਨਾਂ ਦੇ ਕਾਊਂਟ ਦੇ ਵਿੱਚ ਚਲੇ ਗਈਆਂ ਹੈਗੀਆਂ। ਤੇ ਇਸ ਤੋਂ ਬਿਨਾਂ ਰਿਪਬਲਿਕਨਸ ਜਿਹੜੇ ਆ ਉਹਨਾਂ ਕੋਲ ਕਹਿੰਦੇ ਵੀ 53% ਚਾਂਸ ਆ ਹਾਊਸ ਨੂੰ ਕੰਟਰੋਲ ਕਰਨ ਦਾ, 53%। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਰਿਪਬਲਿਕਨਸ ਕੋਲ ਹੁਣ ਤੱਕ 145
ਡੈਮੋਕ੍ਰੇਟਸ ਕੋ 101। ਹੋ ਸਕਦਾ ਕਿਉਂਕਿ ਅਸੀਂ ਵੱਖ-ਵੱਖ ਜਿਹੜੀਆਂ ਨਿਊਜ਼ ਕਾਉਂਟੀਜ਼ ਏਜੰਸੀਜ਼ ਆ। ਜਾਂ ਰਜਿਸਟਰਡ ਵੋਟਰ ਸਟੇਟ ਦੇ ਹੈਗੇ ਆ, ਵੱਖ-ਵੱਖ ਨਿਊਜ਼ ਆਰਗੇਨਾਈਜੇਸ਼ਨ ਤੋਂ ਚੈੱਕ ਕਰ ਰਹੇ ਆ। ਆਪਾਂ ਅੱਗੇ ਪਿੱਛੇ ਵੀ ਹੋ ਸਕਦੇ ਆ। ਸੋ ਇਸੇ ਤਰ੍ਹਾਂ ਐਂਡੀ ਕੇਮ ਨਿਊ ਜਰਸੀ ਤੋਂ ਸੈਨੇਟਰ ਜਿੱਤੇ ਆ। ਪਹਿਲੇ ਜਿਹੜੇ ਆ ਇਹ ਕੋਰੀਅਨ ਮੂਲ ਦੇ ਏਸ਼ੀਅਨ ਮੂਲ ਦੇ ਸੈਨੇਟਰ ਹੋਏ ਹੈਗੇ ਆ। ਡੈਮੋਕ੍ਰੇਟ ਐਂਡੀ ਕੇਮ ਨਿਊ ਜਰਸੀ ਤੋਂ ਸੈਨੇਟ ਦੀ ਸੀਟ ਜਿੱਤ ਗਏ ਹੈਗੇ ਆ। ਜੀ ਬਿਲਕੁਲ। ਸੋ ਲਗਾਤਾਰ ਜਿਹੜੀਆਂ ਪ੍ਰੋਜੈਕਸ਼ਨਸ ਆ ਉਹ ਆ ਰਹੀਆਂ ਜਿਹੜੀਆਂ ਉਹ ਹੈਗੀਆਂ ਆ। ਸੋ ਜਿਨ੍ਹਾਂ ਥਾਵਾਂ ਦੇ ਉੱਤੇ ਅਜੇ ਵੋਟਿੰਗ ਪੈ ਰਹੀ ਆ ਉੱਥੇ ਅਜੇ ਵੀ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਆ ਵੀ ਭਾਈ ਤੁਸੀਂ ਇਸ ਨੂੰ ਜਿਹੜੇ ਅਜੇ ਵੀ ਵੋਟ ਪਾਓ ਜਿਹੜੇ ਜਿਹੜੇ ਵੀ ਮਿਸ ਹੋ ਗਏ ਆ। ਪ੍ਰੈਜ਼ੀਡੈਂਸ਼ੀਅਲ ਵੋਟ ਅਜੇ ਵੀ ਕਾਊਂਟ ਹੋ ਰਹੀ ਆ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇੱਥੇ ਕਈ ਜਿਹੜੇ ਹਮੇਸ਼ਾ ਹੀ ਹਰਜੋਤ ਜੀ, ਹਰਵਿੰਦਰ ਜੀ, ਇਹ ਸਵਾਲ ਚੱਲਦੇ ਰਹਿੰਦੇ ਆ ਵੀ ਭਾਈ ਇਹ ਕੀ ਗੱਲ ਹੋਈ, ਇੱਕ ਪਾਸੇ ਜੇ ਵੋਟਾਂ ਪੈ ਰਹੀਆਂ ਹੁੰਦੀਆਂ, ਦੂਜੇ ਪਾਸੇ ਉਹਨਾਂ ਨੇ ਆਲਰੇਡੀ ਗਿਣਤੀ ਵੀ ਸ਼ੁਰੂ ਕਰ ਦਿੱਤੀ ਹੁੰਦੀ ਆ, ਕਿ ਇਹਦੇ ਨਾਲ ਲੋਕਾਂ ਦੇ ਡਿਸੀਜਨ ਦੇ ਉੱਤੇ ਫਰਕ ਤਾਂ ਨਹੀਂ ਜਿਹੜਾ ਉਹ ਕਿਤੇ ਪੈ ਜਾਂਦਾ। ਇਹ ਤਾਂ ਚਲੋ ਬਾਅਦ ਦੇ ਵਿੱਚ ਪਤਾ ਲੱਗੂਗਾ, ਪਰ ਇਹ ਮੁੱਢ ਤੋਂ ਹੀ ਇਦਾਂ ਹੁੰਦਾ ਆਇਆ ਆ। ਇਹ ਕਦੀ ਵੀ ਜਿੱਦਾਂ ਇੰਡੀਆ ਦੇ ਵਿੱਚ ਕਈ ਮਹੀਨੇ ਤੱਕ ਵੋਟਾਂ ਪਾ ਕੇ ਤੇ ਵੇਟ ਕਰਦੇ ਰਹਿੰਦੇ ਆ, ਉਹਦੇ ਆਲੇ ਦੁਆਲੇ ਉਹਨਾਂ ਨੇ ਪੁਲਿਸ ਵਾਲੇ ਜਿਹੜੇ ਉਹ ਬਿਠਾਏ ਹੁੰਦੇ ਆ ਜਾਂ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਆ। ਇੱਥੇ ਨਾਲ ਦੇ ਨਾਲ ਹੀ ਕਾਊਂਟਿੰਗ ਸ਼ੁਰੂ ਹੋ ਜਾਂਦੀ ਆ। ਇਹ ਵੀ ਦੱਸ ਜਾਈਏ, ਵੋਟ ਕਾਊਂਟਿੰਗ ਨੂੰ ਲੈ ਕੇ ਹਰ ਇੱਕ ਸੂਬੇ ਦੇ ਵੱਖ-ਵੱਖ ਰੂਲਸ ਨੇ, ਵੱਖ-ਵੱਖ ਕਾਨੂੰਨ ਨੇ। ਕਈ ਥਾਵਾਂ ਦੇ ਉੱਤੇ ਵੋਟਿੰਗ ਸ਼ੁਰੂ ਹੁੰਦਿਆਂ ਹੀ ਜਿੱਦਾਂ ਵੋਟਾਂ ਪਈ ਜਾਂਦੀਆਂ ਉਹ ਕਾਊਂਟ ਕਰੀ ਜਾਂਦੇ ਪਰ ਦੱਸਦੇ ਨਹੀਂ ਆ। ਕਈ ਥਾਵਾਂ ਦੇ ਉੱਤੇ ਵੋਟ ਕਾਊਂਟ ਹੋਣ ਜਿਹੜੀ ਵੋਟ ਬੰਦ ਹੋਣ ਤੋਂ ਬਾਅਦ ਦੇ ਵਿੱਚ ਹੀ ਕਾਊਂਟਿੰਗ ਸ਼ੁਰੂ ਹੁੰਦੀ ਆ। ਪਿਛਲੀ ਵਾਰ ਪੈਂਸਲਵੇਨੀਆ ਦੇ ਵਿੱਚ ਬਹੁਤ ਜ਼ਿਆਦਾ ਵਕਤ ਲੱਗਾ ਸੀ। ਜਦ ਲੋਕ ਰਾਤ ਨੂੰ ਸੁੱਤੇ ਤੇ ਜਦ ਸਵੇਰੇ ਉੱਠੇ ਸੀ ਤਾਂ ਉਹਨਾਂ ਨੇ ਫਰਕ ਜਿਹੜਾ ਉਹ ਦੇਖਿਆ ਸੀ। 2020 ਥੋੜਾ ਜਿਹਾ ਡਿਫਰੈਂਟ ਇਸ ਲਈ ਵੀ ਸੀ ਹਰਜੋਤ ਜੀ, ਹਰਵਿੰਦਰ ਜੀ, ਵੀ ਉਸ ਮੌਕੇ ਆਪਾਂ ਦੇਖਿਆ ਸੀ ਵੀ ਕੋਵਿਡ ਦਾ ਦੌਰ ਸੀ। ਬਹੁਤ ਸਾਰੇ ਲੋਕਾਂ ਨੂੰ, ਬਹੁਤ ਸਾਰੀਆਂ ਸਟੇਟਸ ਨੇ ਸਾਰੇ ਪਾਸੇ ਇਨ ਪਰਸਨ ਦੇ ਨਾਲ ਜਿਹੜੀਆਂ ਦੂਜੀਆਂ ਵੋਟਿੰਗਸ ਆ ਉਸ ਨੂੰ ਵੀ ਜਿਹੜਾ ਪ੍ਰਚਾਰਿਆ ਸੀਗਾ ਉਸ ਨੂੰ ਜਿਹੜਾ ਉਹਨਾਂ ਨੇ ਅਲਾਉ ਕੀਤਾ ਸੀ। ਹੁਣ ਕਈ ਥਾਵਾਂ ਦੇ ਉੱਤੇ ਇਹ ਸਾਰਾ ਕੁਝ ਚੱਲ ਰਿਹਾ। ਇਸ ਮੌਕੇ ਇਹ ਜਿਹੜਾ ਦੱਸਿਆ ਜਾ ਰਿਹਾ ਹੈਗਾ ਆ ਵੀ ਐਰੀਜ਼ੋਨਾ ਦੀ, ਈਸਟਰਨ ਐਰੀਜ਼ੋਨਾ ਦੀ ਇੱਕ ਕਾਉਂਟੀ ਦੇ 9 ਪ੍ਰੀਸਿੰਕਟ ਦੇ ਵਿੱਚ ਜਿਹੜੇ ਘੰਟੇ ਆ ਉਹ ਵਧਾ ਦਿੱਤੇ ਗਏ ਆ, ਕਿਉਂਕਿ ਕੋਈ ਉੱਥੇ ਮੁਸ਼ਕਲ ਆਈ ਸੀ ਵੋਟਿੰਗ ਦੇ ਦੌਰਾਨ। ਜੱਜ ਨੇ ਇਹ ਜਿਹੜਾ ਆਰਡਰ ਆ ਉੱਥੇ ਐਲਾਨ ਜਿਹੜਾ ਉਹ ਕੀਤਾ ਆ। ਐਰੀਜ਼ੋਨਾ ਇੱਕ ਅਜਿਹਾ ਬੈਟਲ ਗਰਾਊਂਡ ਸਟੇਟ ਆ ਜਿਸ ਦੇ ਵਿੱਚ 11 ਜਿਹੜੇ ਇਲੈਕਟਰਲ ਵੋਟਾਂ ਜਿਹੜੀਆਂ ਉਹ ਬਣਦੀਆਂ ਆ ਤੇ ਉਹਨਾਂ ਨੂੰ ਜਿਹੜੀਆਂ ਉਹ ਚਾਹੀਦੀਆਂ ਆ। ਕੁੱਲ ਮਿਲਾ ਕੇ ਹਰਵਿੰਦਰ ਜੀ, ਹਰਜੋਤ ਜੀ, 93 ਜਿਹੜੀਆਂ ਟਾਸ ਅਪ ਵੋਟਾਂ ਨੇ, ਜਿਹਦੇ ਵਿੱਚ ਐਰੀਜ਼ੋਨਾ ਦੀਆਂ 11, 6 ਨਵਾਡਾ ਦੀਆਂ, 10 ਵਿਸਕੌਨਸਨ ਦੀਆਂ, 15 ਮਿਸ਼ੀਗਨ ਦੀਆਂ, 19 ਪੈਂਸਲਵੇਨੀਆ ਦੀਆਂ, 16 ਨਾਰਥ ਕੈਰੋਲੀਨਾ ਦੀਆਂ ਤੇ 16 ਜਿਹੜੀਆਂ ਉਹ ਜਾਰਜੀਆ ਦੀਆਂ ਆਉਂਦੀਆਂ ਆ। ਕਿਸੇ ਵੀ ਪਾਰਟੀ ਦੇ ਕਿਸੇ ਵੀ ਕੈਂਡੀਡੇਟ ਨੂੰ ਇਹਨਾਂ ਦੇ ਵਿੱਚੋਂ ਜਿੱਤਣ ਦੇ ਲਈ ਘੱਟੋ ਘੱਟ 4 ਜਾਂ 5 ਸਟੇਟਸ ਜਿਹੜੀਆਂ ਉਹ ਜਿੱਤਣੀਆਂ ਪੈਣੀਆਂ ਆ ਇਹਨਾਂ 7 ਦੇ ਵਿੱਚੋਂ, ਜੇ ਉਹ ਚਾਹੁੰਦੇ ਆ ਵੀ ਉਹ ਅਗਲੇ ਪ੍ਰੈਜ਼ੀਡੈਂਟ ਜਿਹੜੇ ਉਹ ਬਣਨ। ਸੋ ਇਹ ਹੁਣ ਵੱਡੀ ਜਿਹੜੀ ਇੱਕ ਚੀਜ਼ ਜਿਹੜੀ ਉਹ ਹੋਣ ਜਾ ਰਹੀ ਆ। ਸੋ ਇਸ ਦੇ ਵਿੱਚ ਦੇਖਦੇ ਆ ਵੀ ਅੱਗੇ ਕੀ ਪੂਰਾ ਇਹ ਬਣਦਾ ਆ। ਬਾਕੀ ਤੁਹਾਨੂੰ ਅਸੀਂ ਨਾਲ ਸਾਰਾ ਕੁਝ ਜਿਹੜਾ ਉਹ ਦੱਸਣ ਦੀ ਕੋਸ਼ਿਸ਼ ਕਰੀ ਜਾ ਰਹੇ ਹੈਗੇ ਆ ਜੀ। ਸੋ ਬਿਲਕੁਲ, ਜਿੰਨੇ ਵੀ ਸਾਡੇ ਜਿਹੜੇ ਸਰੋਤੇ ਹੈਗੇ ਦੱਸਦੇ ਜਾਈਏ, ਤੁਸੀਂ ਪੰਜਾਬੀ ਰੇਡੀਓ USA ਨੂੰ ਰਾਈਟ ਨਾਓ ਸਾਡੇ ਜਿੰਨੇ ਵੀ ਸਾਰੇ AM ਸਟੇਸ਼ਨਸ, FM ਸਟੇਸ਼ਨਸ ਆ, 1170 AM ਸੈਨੋਜ਼ੇ ਬੇ ਏਰੀਆ, 99.3 FM ਬੇ ਏਰੀਆ, ਤੇ ਇਸੇ ਤਰ੍ਹਾਂ 1470 AM ਤੇ 105.9 FM ਸੈਕਰਾਮੈਂਟੋ, 1300 AM ਤੇ 104.5 FM ਫ੍ਰਿਜ਼ਨੋ, 1450 AM ਤੇ 96.5 FM ਯੂਬਾ ਸਿਟੀ, 1570 AM ਸਟਾਕਟਨ ਲੋਡਾਈ ਵਾਲਾ ਏਰੀਆ, 1350 AM ਤੇ 107.5 FM ਬੇਕਰਸਫੀਲਡ, ਤੇ ਨਾਲ ਦੀ ਨਾਲ ਮੰਟੀਕਾ ਤੇ ਮੋਡੈਸਟੋ ਵਾਲਾ ਜਿਹੜਾ ਏਰੀਆ 920 AM 107.1 FM ਤੇ 92.3 FM ਤੇ ਸੁਣ ਸਕਦੇ ਹੋ। ਤੇ ਪੂਰੀ ਦੁਨੀਆ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਨੂੰ YouTube ਦੇ ਉੱਤੇ, Facebook ਦੇ ਉੱਤੇ ਲਾਈਵ ਦੇਖ ਰਹੇ ਹੋ। ਤੁਹਾਡੇ ਦੋਸਤ ਮਿੱਤਰ ਜੋ ਹਿੰਦੁਸਤਾਨ ਦੇ ਵਿੱਚ ਹੈਗੇ ਆ, ਕਿਉਂਕਿ ਉਹਨਾਂ ਨੇ ਸਾਡੇ ਚੈਨਲ ਬੰਦ ਕੀਤੇ ਆ, ਪੰਜਾਬੀ TV USA ਜੋ ਆ ਉਹ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ, ਉੱਥੇ ਜਾ ਕੇ ਉਹ ਦੇਖ ਸਕਦੇ ਹੈਗੇ ਆ। ਈਵਨ ਰੰਬਲ ਦੇ ਉੱਤੇ ਵੀ ਹਰਜੋਤ ਸਿੰਘ ਜੀ ਆਪਾਂ ਜਿਹੜਾ ਇਸ ਟਾਈਮ ਲਾਈਵ ਚੱਲ ਰਹੇ ਹਾਂ Facebook YouTube ਦੇ ਨਾਲ ਰੰਬਲ ਦੇ ਉੱਤੇ ਵੀ ਜਿਹੜਾ ਪੰਜਾਬੀ ਰੇਡੀਓ USA ਦੀ ਜਿਹੜੀ ਸਟ੍ਰੀਮ ਆ ਉਹ
ਲਾਈਵ ਜਿਹੜੀ ਉਹ ਚੱਲ ਰਹੀ ਹੈਗੀ ਆ ਜੀ। ਸੋ ਬਿਲਕੁਲ ਪੰਜਾਬੀ ਦੇ ਵਿੱਚ ਜੀ। ਜਿਹੜਾ ਆ ਇਲੈਕਸ਼ਨ ਰਿਜ਼ਲਟ ਦੱਸਣੇ ਤੇ ਉਹ ਨਜ਼ਾਰਾ ਵੱਖਰਾ ਹੀ ਹੁੰਦਾ, ਤੁਹਾਨੂੰ ਪਤਾ ਹੀ ਹੈ ਇਹ ਜਦੋਂ ਤਾਂ ਆਪਣੀ ਇਹ ਤਾਂ ਬਿਲਕੁਲ ਮਾਂ ਬੋਲੀ 'ਚ ਜਿਹੜੀ ਗੱਲਬਾਤ ਕਰਦੇ ਆ ਤੇ ਫਿਰ ਉਹ ਵੱਖਰਾ ਹੀ ਨਜ਼ਾਰਾ ਹੁੰਦਾ। ਤੇ ਹਾਂਜੀ ਹਰਵਿੰਦਰ ਜੀ। ਹਾਂਜੀ, ਸੋ ਮੈਂ ਦੇਖ ਰਿਹਾ ਸੀ ਕਿ ਨਿਊਯਾਰਕ ਟਾਈਮਸ ਜਿਹੜਾ ਕਿ ਥੋੜਾ ਜਿਹਾ ਡੈਮੋਕ੍ਰੇਟ ਪੱਖੀ ਮੰਨਿਆ ਜਾਂਦਾ, ਉਹਨਾਂ ਲਿਬਰਲ ਦੇ ਕਹਿ ਲਓ ਥੋੜਾ ਜਿਹਾ ਉਸ ਪਾਸੇ ਨੂੰ, ਪਰ ਉਹਨਾਂ ਦੀ ਜਿਹੜੀ ਪ੍ਰੋਜੈਕਸ਼ਨ ਜਾਰਜੀਆ ਤੇ ਨਾਰਥ ਕੈਰੋਲਾਈਨਾ ਦੀ ਹੋਈ ਆ, ਜਿਸ ਹਿਸਾਬ ਦੇ ਨਾਲ ਉੱਥੇ ਚੱਲ ਰਿਹਾ, ਜਿਹੜੇ ਕਿ ਟਰੰਪ ਦੇ ਚਾਂਸ ਜਿਹੜੇ ਆ ਉਹ 71% ਹੈਗੇ ਆ ਵਿਨ ਕਰਨ, ਉਹਨਾਂ ਪ੍ਰੋਜੈਕਸ਼ਨ ਨਿਊਯਾਰਕ ਟਾਈਮਸ ਦੀ ਪ੍ਰੋਜੈਕਸ਼ਨ ਦੇ ਅਕੋਰਡਿੰਗਲੀ। ਤੇ ਇੱਕ ਉਹਨਾਂ ਬੜੀ ਇੰਟਰਸਟਿੰਗ ਜਿਹੜੀ ਗੱਲਬਾਤ ਫਲੋਰੀਡਾ ਦੇ ਬਾਰੇ ਦੱਸੀ, ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਫਲੋਰੀਡਾ ਦੇ ਲਟੀਨੋ ਵੋਟਰ ਸੀ, ਹਨਾ, ਜਿਹੜੇ ਸਪੈਨਿਸ਼ ਮੂਲ ਦੇ, ਉਹਨਾਂ ਦੇ ਕਾਰਨ, ਹਾਂਜੀ ਸਪੈਨਿਸ਼ ਮੂਲ ਦੇ, ਉਹਨਾਂ ਦੇ ਕਰਕੇ ਜਿਹੜਾ ਕੁਝ ਚੇਂਜਸ ਹੋਇਆ। ਤਾਂ ਵਨ ਆਫ ਦ ਰੀਜ਼ਨ ਉਹਦਾ ਇਹ ਸੀ ਕਿ ਫਲੋਰੀਡਾ ਦੇ ਜਿਹੜੇ ਵੋਟਰ ਉਹਨਾਂ ਚੋਂ ਕਾਫੀ ਜ਼ਿਆਦਾ ਕਿਊਬਨ ਪਰਸੀਕਿਊਸ਼ਨ ਤੋਂ ਆਏ, ਸੋ ਉਹਨਾਂ ਦੀ ਜਿਹੜੀ, ਹਾਂਜੀ, ਸੋ ਉਹਨਾਂ ਦੀ ਅਸਾਈਲਮਸ ਵਗੈਰਾ ਉੱਥੇ ਲਏ ਆ, ਉਹ ਕਾਫੀ ਉੱਥੇ ਸੈਟਲ ਹੋਏ ਆ। ਸੋ ਕਹਿੰਦੇ ਜਿਹੜੇ ਉਹਨਾਂ ਦੀ ਜਿਹੜੀ ਸੋਚ ਆ, ਥਾਟ ਪ੍ਰੋਸੈਸ ਆ, ਉਹ ਟੂਵਰਡਸ ਥੋੜੀ ਜਿਹੀ ਰਾਈਟ ਰਹੀ ਆ। ਇੱਕ ਵੱਡਾ ਕਾਰਨ ਬਣਿਆ ਫਲੋਰੀਡਾ ਦੀ ਟੂਵਰਡਸ ਜੀਓਪੀ ਜਾਣ ਦਾ। ਇੱਕ ਚੀਜ਼ ਜਿਹੜੀ ਕਨਫਰਮ ਆ ਹਰਜੋਤ ਸਿੰਘ ਜੀ, ਸੌਰੀ ਮੈਂ ਵਿੱਚੇ ਕੱਟ ਰਿਹਾ ਤੁਹਾਨੂੰ, ਵੀ ਜਿਹੜੀ ਫਲੋਰੀਡਾ ਹੁਣ ਪੱਕੇ ਤੌਰ ਦੇ ਉੱਤੇ ਰੈੱਡ ਸਟੇਟ ਘੋਸ਼ਿਤ ਕਹਿ ਸਕਦੇ ਹਾਂ ਵੀ ਉਹ ਹੋ ਚੁੱਕੀ ਆ। ਹਰ ਇੱਕ ਕਾਉਂਟੀ ਦੇ ਵਿੱਚ ਜਿਹੜੀ ਉੱਥੇ ਰੈੱਡ ਵੇਵ ਆ ਇਸ ਵਾਰ ਦੀਆਂ ਇਲੈਕਸ਼ਨ ਦੇ ਵਿੱਚ ਖਾਸ ਕਰਕੇ ਦੇਖਣ ਨੂੰ ਮਿਲੀ ਆ। 4 ਸਾਲਾਂ ਦੇ ਵਿੱਚ ਇਸ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਤਬਦੀਲੀ, ਪੂਰੀ ਤਰ੍ਹਾਂ ਜਿਹੜਾ ਬਦਲਾਅ ਆ ਉਹ ਹੋ ਗਿਆ। ਉੱਥੇ ਦਾ ਜਿਹੜਾ ਵੋਟਰ ਆ ਉਹ ਰਾਈਟ ਨੂੰ ਪੂਰੀ ਤਰ੍ਹਾਂ ਜਿਹੜਾ ਉੱਥੇ ਝੁਕ ਗਿਆ। ਚਾਹੇ ਕੋਵਿਡ ਦੇ ਵਿੱਚ ਡਿਸੈਂਟਸ ਦੇ ਦੁਆਰਾ ਜਿਸ ਤਰੀਕੇ ਦੇ ਲਏ ਗਏ ਫੈਸਲੇ ਆ ਉਸ ਨੂੰ ਲੈ ਕੇ ਆ, ਬਾਕੀਆਂ ਦੇ ਨਾਲ ਇਹਨਾਂ ਦੇ ਸਿੰਘ ਫਸਦੇ ਰਹੇ ਆ। ਸਾਡੇ ਕੈਲੀਫੋਰਨੀਆ ਦੇ ਗਵਰਨਰ ਦੇ ਨਾਲ ਡਿਸੈਂਟਸ ਦੇ ਹਮੇਸ਼ਾ ਸਿੰਘ ਫਸਦੇ ਰਹੇ ਆ, ਤੇ ਹਰ ਇੱਕ ਨੂੰ ਆਪਣੀ ਸਟੇਟ ਦੇ ਉੱਤੇ ਪ੍ਰਾਊਡਨੈਸ ਹੁੰਦੀ ਆ। ਸੋ ਉਸ ਤਰੀਕੇ ਦੇ ਨਾਲ ਆਪਾਂ ਦੇਖਿਆ ਵੀ ਫਲੋਰੀਡਾ ਵਾਲੇ ਹੁਣ ਇੱਧਰ ਨੂੰ ਹੋ ਗਏ ਆ। ਇੱਧਰ ਹਰਜੋਤ ਸਿੰਘ ਜੀ, ਆਪਾਂ ਜਿਹੜੇ ਮੌਜੂਦਾ ਰਾਸ਼ਟਰਪਤੀ ਆ ਬਾਈਡਨ, ਉਹਨਾਂ ਦੀ ਜਿਹੜੀ ਹੋਮ ਸਟੇਟ ਆ ਉਸ ਦੀ ਗੱਲ ਕਰਦੇ ਜਾਈਏ, ਡੈਲਵੇਅਰ ਦੇ ਵਿੱਚ ਜਿਹੜੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ ਉਸ ਦੀ ਜਿੱਤ ਹੋਈ ਆ। ਇਹ ਵੀ ਇੱਕ ਟਾਈਮ ਦੇ ਉੱਤੇ ਉਹਨਾਂ ਨੂੰ ਵੀ ਡਰ ਲੱਗਾ ਸੀਗਾ ਵੀ ਖੌਰੇ ਕਿਤੇ ਇਹ ਵੀ ਮੇਰੇ ਹੱਥੋਂ ਜਿਹੜਾ ਉਹ ਖਿਸਕ ਜਿਹੜੀ ਉਹ ਨਾ ਜਾਵੇ। 4 ਮਹੀਨਿਆਂ ਤੱਕ ਬਾਈਡਨ ਹੁਣੀ ਇੱਥੇ ਸੀਗੇ, ਉਹ ਕੈਂਡੀਡੇਟ ਸੀਗੇ, ਪਰ ਬਾਅਦ ਦੇ ਵਿੱਚ ਕਮਲਾ ਹੈਰਿਸ ਜਿਹੜੀ ਉਹ ਮੋਹਰੇ ਆਈ ਤੇ ਉਸ ਤਰੀਕੇ ਦੇ ਨਾਲ ਜਿਹੜਾ ਉਹ ਹੋਇਆ ਆ। ਹੁਣੇ ਜਿਹੜੀ ਐਸੋਸੀਏਟ ਪ੍ਰੈਸ ਆ ਉਹਨਾਂ ਨੇ ਡੋਨਲਡ ਟਰੰਪ ਨੂੰ ਮਜ਼ੂਰੀ ਵਿਨ ਜਿਹੜਾ ਉਹ ਐਲਾਨ ਦਿੱਤਾ ਹੈਗਾ ਆ। ਸੋ ਮਜ਼ੂਰੀ ਵੋਟਰਸ ਨੇ ਜਿਹੜੇ ਟਰੰਪ ਹੁਣਾਂ ਨੂੰ ਫੇਵਰ ਕੀਤਾ ਆ ਪਿਛਲੀਆਂ 3 ਇਲੈਕਸ਼ਨ ਦੇ ਵਿੱਚ, 2016 ਚ ਵੀ, 2020 ਚ ਵੀ ਤੇ ਇਸ ਵਾਰ 2024 ਦੇ ਵਿੱਚ ਵੀ। ਸੋ ਉਹਨਾਂ ਦੀ ਜਿਹੜੀ ਉੱਥੇ ਹਰਜੋਤ ਸਿੰਘ ਜੀ ਉਹ ਜਿਹੜੀ ਆ ਜਿੱਤ ਹੋਈ ਆ ਮਜ਼ੂਰੀ ਦੇ ਵਿੱਚ ਵੀ। ਜੀ ਬਿਲਕੁਲ। ਸੋ ਆਪਾਂ ਵੱਖ-ਵੱਖ ਜਿਹੜੇ ਨਿਊਜ਼ ਚੈਨਲਸ ਆ ਉਹਨਾਂ ਤੋਂ ਤੁਹਾਨੂੰ ਜੋ ਕੁਝ ਵਾਪਰਿਆ ਹੈਗਾ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਆ। ਕਹਿੰਦੇ ਵੀ 98% ਚਾਂਸ ਆ ਵੀ ਰਿਪਬਲਿਕਨਸ ਹੁਣ ਸੈਨੇਟ ਨੂੰ ਕੰਟਰੋਲ ਕਰ ਜਾਣ। ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਵੀ ਵਰਜੀਨੀਆ ਦੇ ਵਿੱਚ ਰਿਪਬਲਿਕਨ ਕੈਂਡੀਡੇਟ ਨੇ ਜਿਹੜੀ ਆ ਸੀਟ ਉਹ ਜਿੱਤ ਰਹੀ ਹੈਗੀ ਆ। ਪਰ ਰਾਈਟ ਨਾਓ ਹੁਣ ਤੱਕ ਜਿੰਨੇ ਰਿਜ਼ਲਟਸ ਆਏ ਆ 45 ਰਿਪਬਲਿਕਨਸ ਆ ਤੇ 36 ਡੈਮੋਕ੍ਰੇਟਸ ਹੈਗੇ ਆ। ਬਾਕੀ ਜਿਹੜੀਆਂ ਉਹਨਾਂ ਦੇ ਰਿਜ਼ਲਟ ਆਣੇ ਹੈਗੇ ਆ। ਹੈਰਿਸ ਦੇ ਕੋਲ, ਕਮਲਾ ਹੈਰਿਸ ਕੋਲ 57% ਚਾਂਸ ਆ ਮਿਸ਼ੀਗਨ ਜਿੱਤਣ ਦੇ। ਸੋ ਮਿਸ਼ੀਗਨ ਸਟੇਟ ਕਮਲਾ ਹੈਰਿਸ ਹੁਣੀ ਲਿਜਾ ਸਕਦੇ ਹੈਗੇ ਆ ਜੀ। ਰੋ ਵਰਸਸ ਵੇਡ ਤੋਂ ਬਾਅਦ ਹਰਜੋਤ ਸਿੰਘ ਜਿਹੜੇ ਅਬੋਰਸ਼ਨ ਦਾ ਇਸ਼ੂ ਆ ਇਸ ਵਾਰ ਕਾਫੀ ਹੌਟ ਇਸ਼ੂ ਰਿਹਾ, ਖਾਸ ਕਰਕੇ ਜਿਹੜੇ ਕਮਲਾ ਹੈਰਿਸ ਦੇ ਸਪੋਰਟਰਸ ਆ ਉਹਨਾਂ ਦੇ ਲਈ। ਫਲੋਰੀਡਾ ਦੇ ਵਿੱਚ ਇੱਕ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲੀ ਆ, ਫਲੋਰੀਡਾ ਦੇ ਵਿੱਚ ਕਮਲਾ ਹੈਰਿਸ ਇਹ ਸੋਚ ਰਹੀ ਸੀ ਵੀ ਕਿਉਂਕਿ ਅਬੋਰਸ਼ਨ ਨੂੰ ਲੈ ਕੇ ਸ਼ਾਇਦ ਉੱਥੇ ਸਮਰਥਨ ਆ ਤਾਂ ਉਹਨਾਂ ਦੀਆਂ ਉਹ ਜਿਹੜੀਆਂ ਵੋਟਸ ਆ ਉਹ ਇਹਨਾਂ ਦੇ ਹੱਕ ਦੇ ਵਿੱਚ ਵੀ ਭੁਗਤ ਸਕਦੀਆਂ। ਪਰ ਓਵਰਆਲ ਜਿਹੜਾ ਉਹ ਆਪਾਂ ਡਿਫਰੈਂਸ ਦੇਖਿਆ, ਅਬੋਰਸ਼ਨ ਨੂੰ ਚਾਹੇ 57% ਵੋਟ ਪਈ ਆ, ਇਹਨਾਂ ਨੂੰ ਕੁੱਲ ਮਿਲਾ ਕੇ ਪ੍ਰੈਜ਼ੀਡੈਂਸੀ ਦੇ ਲਈ ਉੱਥੇ 43% ਵੋਟ ਪਈ ਆ। ਉਹ ਜਿਹੜੀ ਵੋਟ ਅਬੋਰਸ਼ਨ ਵਾਲੀ ਹੱਕ ਵਾਲੀ ਆ ਉਹ ਕਮਲਾ ਹੈਰਿਸ ਨੂੰ ਨਹੀਂ ਪਈ ਹੈਗੀ। ਉੱਥੇ ਕਮਲਾ ਹੈਰਿਸ ਖੁਦ ਵੀ ਹਾਰ ਗਏ ਆ ਤੇ ਅਬੋਰਸ਼ਨ ਦਾ ਜਿਹੜਾ ਇਸ਼ੂ ਆ 6 ਵੀਕ ਦੇ ਉੱਤੇ ਅਬੋਰਸ਼ਨ ਤੋਂ 6 ਵੀਕ ਤੋਂ ਬਾਅਦ ਅਬੋਰਸ਼ਨ ਦੇ ਉੱਤੇ ਰੋਕ ਆ, ਉਸ ਨੂੰ ਹਟਾਉਣ ਵਾਲੀ ਜਿਹੜੀ ਮੱਦ ਆ ਉਹ ਵੀ ਜਿਹੜੀ ਹੁਣ ਉੱਥੇ ਹਾਰ ਚੁੱਕੀ ਹੈਗੀ ਆ। ਸੋ ਫਾਰ ਐਵਰੀਥਿੰਗ ਨਾਰਮਲ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਨਬਰਾਸਕਾ ਹਰਜੋਤ ਜੀ, ਹਰਵਿੰਦਰ ਜੀ, ਇੱਕ ਥੋੜਾ ਜਿਹਾ
ਵੱਖਰਾ ਸੂਬਾ ਆ ਬਾਕੀਆਂ ਦੇ ਨਾਲੋਂ ਇਲੈਕਟਰਲ ਕਾਲਜ ਦੇ ਹਿਸਾਬ ਦੇ ਨਾਲ। ਇਹ ਵੀ ਥੋੜਾ ਜਿਹਾ ਆਪਣੇ ਜਿਹੜੇ ਸੁਣਨ ਵਾਲੇ ਦੇਖਣ ਵਾਲੇ ਉਹਨਾਂ ਨੂੰ ਅਸੀਂ ਦੱਸਦੇ ਜਾਈਏ। ਰੀਜ਼ਨ ਉਸ ਦੇ ਵਿੱਚ ਇਹ ਆ ਵੀ ਨਾਰਥ ਨਬਰਾਸਕਾ ਦੇ ਵਿੱਚ ਜਿਹੜੀਆਂ 5 ਡਿਸਟ੍ਰਿਕਟਸ ਆ ਉਹਨਾਂ ਸਾਰਿਆਂ ਦੀਆਂ ਵੱਖ-ਵੱਖ ਇਲੈਕਟਰਲ ਵੋਟ ਆ, ਤੇ ਜਿਹੜਾ ਵੀ ਉਸ ਡਿਸਟ੍ਰਿਕਟ ਨੂੰ ਜਿੱਤਦਾ ਆ ਉਹਦੇ ਹਿਸਾਬ ਦੇ ਨਾਲ ਉਹ ਜਿਹੜੀ ਇਲੈਕਟਰਲ ਵੋਟ ਆ ਉਧਰ ਨੂੰ ਜਾਂਦੀ ਆ। ਨਬਰਾਸਕਾ ਦੇ ਵਿੱਚ ਜਿਹੜੀਆਂ 3 ਡਿਸਟ੍ਰਿਕਟਸ ਆ ਉਹ ਟਰੰਪ ਹੁਣਾਂ ਨੇ ਇਸ ਦੇ ਵਿੱਚ ਜਿੱਤੀਆਂ ਆ, ਜਿਹਦੇ ਨਾਲ ਉਹਨਾਂ ਨੂੰ 5 ਜਿਹੜੀਆਂ ਉੱਥੇ ਦੀਆਂ ਇਲੈਕਟਰਲ ਵੋਟਾਂ ਮਿਲੀਆਂ, ਤੇ 2 ਜਿਹੜੀਆਂ ਆ ਉਸ ਦੇ ਵਿੱਚ ਕਮਲਾ ਹੈਰਿਸ ਹਾਲ ਦੀ ਘੜੀ ਅੱਗੇ ਜਿਹੜੀ ਉਹ ਚੱਲ ਰਹੀ ਆ, ਤਾਂ ਉਹਦੇ ਕਰਕੇ ਜਿਹੜੀਆਂ ਉਹ 2 ਜਿਹੜੀਆਂ ਵੋਟਾਂ ਬਣ ਜਾਂਦੀਆਂ। ਇਹ ਵੀ ਨਾਲ ਦੇ ਨਾਲ ਇਹ ਮੰਗ ਉੱਠਦੀ ਰਹਿੰਦੀ ਆ ਵੀ ਜੇ ਤੁਸੀਂ ਇਲੈਕਟਰਲ ਵੋਟ ਦੇ ਹਿਸਾਬ ਦੇ ਨਾਲ ਇਲੈਕਟਰਲ ਕਾਲਜ ਦੇ ਹਿਸਾਬ ਨਾਲ ਹੀ ਚੱਲਣਾ ਆ, ਤੇ ਹਰ ਇੱਕ ਡਿਸਟ੍ਰਿਕਟ ਦੀ ਜਿਹਦੇ ਵਿੱਚ ਜਿਸ ਦੀ ਜਿੱਤ ਹੁੰਦੀ ਆ ਹਾਰ ਹੁੰਦੀ ਆ ਉਹ ਕਾਊਂਟ ਹੋਣੀ ਚਾਹੀਦੀ ਆ, ਰਾਦਰ ਦੈਨ ਵੀ ਤੁਸੀਂ ਪੂਰੀ ਦੀ ਪੂਰੀ ਸਟੇਟ ਜਿਹੜੀ ਆ ਪਪੂਲਰ ਵੋਟ ਦੇ ਹਿਸਾਬ ਦੇ ਨਾਲ ਬਾਅਦ ਦੇ ਵਿੱਚ ਉਹਨਾਂ ਦੇ ਪੱਖ ਦੇ ਵਿੱਚ ਜਿਹੜਾ ਉਹ ਕਰ ਦੋ। ਸੋ ਇਹ ਪਰ ਨਬਰਾਸਕਾ ਦੇ ਵਿੱਚ ਥੋੜਾ ਜਿਹਾ ਆਪਣੇ ਕੋਲ ਡਿਫਰੈਂਸ ਜਿਹੜਾ ਆ ਬਾਕੀ ਜਿੱਦਾਂ ਫਲੋਰੀਡਾ, ਟੈਕਸਸ, ਕੈਲੀਫੋਰਨੀਆ, ਨਿਊਯਾਰਕ ਆ ਉਹਦੇ ਨਾਲੋਂ ਇਹ ਵੱਖਰਾ ਦੇਖਣ ਨੂੰ ਮਿਲਦਾ ਆ। ਸੋ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਕਮੈਂਟ ਵੀ ਪਾ ਰਹੇ ਹੈਗੇ ਉੱਤੇ, ਕੋਈ ਕਹਿ ਰਿਹਾ ਟਰੰਪ ਸਿੰਘ ਆ ਰਿਹਾ, ਕੋਈ ਕਹਿੰਦਾ ਟਰੰਪ ਬਾਈ ਆ ਰਿਹਾ, ਕੋਈ ਕਹਿੰਦਾ ਟਰੰਪ ਚਾਚਾ ਆ ਰਿਹਾ, ਤੇ ਕੋਈ ਜਿਹੜੇ ਆ ਉਹ ਉਲਟ ਵੀ ਲਿਖੇ ਜਾਂਦੇ ਵੀ ਬਈ ਸਾਰੇ ਜਿਹੜੇ ਆ ਆਪਾਂ ਪਰਿਵਾਰਾਂ ਵਾਲੇ ਦੇਖ ਰਹੇ ਆ, ਤੁਸੀਂ ਏਦਾਂ ਨਾ ਕਰੋ ਵੀ ਭਾਸ਼ਾ ਜਿਹੜੀ ਆ ਉਹ ਬਿਲਕੁਲ ਸਹੀ ਵਰਤੋ, ਕਿਉਂਕਿ ਜੇ ਮੈਂ ਦੱਸਦਾ ਜਾਵਾਂ ਹੁਣ ਤੱਕ ਜਿੰਨੇ ਰਿਜ਼ਲਟ ਆਏ ਆ, ਟਰੰਪ ਉਹਨਾਂ ਦੇ ਕੋਲ 188 ਇਲੈਕਟਰਲ ਵੋਟਸ ਹੈਗੀਆਂ, 38,01,85,827 ਵੋਟ ਆ, ਤੇ ਕਮਲਾ ਹੈਰਿਸ ਉਹਨਾਂ ਦੇ ਕੋਲ 99 ਇਲੈਕਟਰਲ ਵੋਟਸ ਆ, 33,07 ਲੱਖ ਹੁਣ ਵੱਧ ਗਈਆਂ, 33,08,55,000 ਐਵਰੀ ਸੈਕਿੰਡ ਚੇਂਜ ਹੋਈ ਜਾ ਰਹੀਆਂ। ਬਿਲਕੁਲ ਜੀ ਹਾਂ। ਸੋ ਇਦਾਂ ਨਹੀਂ ਹੈ ਜਿਹੜੇ ਇੰਨੇ ਨੇ ਮਿਲੀਅਨ ਲੋਕਾਂ ਨੇ ਵੋਟ ਪਾਈ ਆ ਉਹ ਕੁਛ ਨਾ ਕੁਛ ਤਾਂ ਕੈਂਡੀਡੇਟ 'ਚ ਦੇਖਿਆ ਹੈ ਨਾ। ਸੋ ਤੁਸੀਂ ਇਹ ਰੱਖੋ ਵੀ ਕਿਹੜਾ ਕੈਂਡੀਡੇਟ ਕਿਹੜੇ ਇਸ਼ੂ ਤੇ ਕਿੱਦਾਂ ਕਰ ਸਕਦਾ ਹੈਗਾ, ਨਾ ਕਿ ਐਵੇਂ ਉਲਟੇ ਸਿੱਧੇ ਨਾ ਲੈ ਕੇ। ਸੋ ਹਾਂ, ਮਜ਼ਾਕ ਦੇ ਵਿੱਚ ਕੁਛ ਕਰਨਾ ਹੈ ਜੇ ਦੈਟਸ ਓਕੇ, ਉਹਦੇ ਨਾਲ ਇਹ ਆ ਵੀ ਆਪਾਂ ਵੀ ਬੋਰ ਨਹੀਂ ਹੋਵਾਂਗੇ ਤੇ ਤੁਹਾਡੇ ਨਾਲ ਜਿਹੜੇ ਜੀ, ਤੇ ਬਾਕੀ ਆਪਣੇ ਨਾਲ ਹਰਜੋਤ ਸਿੰਘ ਜੀ ਜਿਹੜੇ ਕਾਲਰਸ ਆ ਉਹ ਵੀ ਜੁੜ ਰਹੇ ਆ। ਸਰੋਤੇ ਤੁਸੀਂ ਵੀ ਕਾਲ ਕਰਕੇ ਜੇ ਭਾਗ ਲੈਣਾ ਚਾਹੁੰਦੇ ਇਸ ਪ੍ਰੋਗਰਾਮ ਦੇ ਵਿੱਚ, ਲਾਈਵ ਇਲੈਕਸ਼ਨ ਕਵਰੇਜ 2024 US ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੀਆਂ, ਉਸ ਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਸਕਦੇ ਆ। ਨੰਬਰ ਹੈ ਜੀ 4082725200 408-272-5200 ਦੇ ਉੱਤੇ ਜਿਹੜਾ ਉਹ ਤੁਸੀਂ ਕਾਲ ਕਰਕੇ ਜਿਹੜਾ ਉਹ ਸਾਡੇ ਨਾਲ ਸਾਂਝ ਪਾ ਸਕਦੇ। ਕੁਝ ਕਾਲਰ ਆਪਣੇ ਨਾਲ ਜੁੜੇ ਨੇ, ਹਰਵਿੰਦਰ ਜੀ, ਹਰਜੋਤ ਜੀ, ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹਾਂਜੀ ਗੁਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੜਾ ਆਨੰਦ ਆ ਰਿਹਾ ਤੁਹਾਡੀ ਨਿਊਜ਼ ਸੁਣ ਕੇ, ਬੜਾ। ਮੈਂ ਟਰੱਕ ਚਲਾ ਰਿਹਾ ਜੀ ਜੀ, ਮੈਂ ਨਵਾਡਾ ਦੇ ਵਿੱਚ। ਠੀਕ ਹੈ ਜੀ। ਨਵਾਡਾ ਵੀ ਬੜੀ ਕ੍ਰਿਟੀਕਲ ਸਟੇਟ ਆ, ਦੇਖੋ ਪਿਛਲੀ ਵਾਰੀ ਹਾਰ ਗਿਆ ਸੀ ਟਰੰਪ ਹੋਣੀ, ਇਸ ਵਾਰੀ ਦੇਖੋ ਕਿੱਧਰ ਨੂੰ ਜਾਂਦੀ ਆ। ਨਹੀਂ ਜੀ, ਸਾਡਾ ਵੀਰ ਜਿੱਤ ਜੀ ਨਾਲ ਦੇ ਨਾਲ ਇਹ ਦੱਸਦੀ ਹੈ। ਇਹਦਾ ਮਤਲਬ ਤੁਸੀਂ ਉਮਰ ਵੀ ਨਾਲੇ ਦੱਸ ਗਏ ਆਪਣੀ। ਤੁਹਾਡੇ ਨਵਾਡਾ ਸਾਡਾ ਅੱਜ ਤੁਹਾਨੂੰ ਵੀਰ ਜੀ ਕਹਿ ਕੇ ਬੁਲਾ ਲਓ ਜੇ ਡੀਸੀ ਲੱਗਾ, ਟਰੰਪ ਹੋਣੀ ਲੱਗੇ ਡੀਸੀ ਹੈ। ਠੀਕ ਹੈ ਜੀ, ਚਲੋ ਵੀਰ ਜੀ ਕਿਹਾ ਠੀਕ ਹੈ ਜੀ, ਬਹੁਤ ਬਹੁਤ ਅਸੀਂ ਐਪਰੀਸ਼ੀਏਟ ਕਰਦੇ ਹਾਂ। ਥੈਂਕ ਯੂ ਜੀ, ਮਿਹਰਬਾਨੀ ਜੀ। ਸੁਣਦੇ ਜਾਓ ਨਾਲੇ ਨੀਂਦ ਨਾ ਆਊਗੀ ਜੀ। ਬ੍ਰੇਕਿੰਗ ਨਿਊਜ਼ ਜੀ, ਯੂਟਾ ਦੇ ਵਿੱਚ ਡੋਨਲਡ ਟਰੰਪ ਹੁਣਾਂ ਦੀ ਜਿੱਤ ਜਿਹੜੀ ਆ ਉਹ ਹੋ ਚੁੱਕੀ ਆ ਆਲਰੇਡੀ। ਜਿਹੜਾ ਆ 3.5 ਮਿਲੀਅਨ ਉੱਥੇ ਰੈਜ਼ੀਡੈਂਟਸ ਆ ਓਵਰਆਲ, ਮਹਿਜ ਕੈਲੀਫੋਰਨੀਆ ਤੋਂ 10 ਗੁਣਾ ਜਿਹੜਾ ਉਹ ਘੱਟ, ਉਤੋਂ ਵੀ ਜ਼ਿਆਦਾ। ਉੱਥੇ ਜਿਹੜੇ ਇਲੈਕਸ਼ਨ ਦੇ ਵਿੱਚ ਡੋਨਲਡ ਟਰੰਪ ਆ ਉਹਨਾਂ ਨੂੰ ਜਿਹੜੀਆਂ 6 ਸੀਟਾਂ ਜਿਹੜੀਆਂ ਉਹ ਮਿਲ ਚੁੱਕੀਆਂ ਆ। AP ਜਿਹੜਾ ਉਹ ਦੱਸ ਰਿਹਾ 198 ਟਰੰਪ ਤੇ 99 ਕਮਲਾ ਹੈਰਿਸ। ਜੇ ਤੁਸੀਂ ਫੌਕਸ ਤੇ ਦੇਖੋ ਤਾਂ 205 ਟਰੰਪ ਤੇ 117 ਜਿਹੜੇ ਆ ਉਹ ਕਮਲਾ ਹੈਰਿਸ ਆ। ਸੋ 54-55 ਦੀ ਛਾਲ ਕੈਲੀਫੋਰਨੀਆ 'ਚ ਵੱਜਣੀ ਆ। ਔਰੇਗਨ ਦੇ ਵਿੱਚ ਕਾਊਂਟਿੰਗ ਸਟਾਰਟ ਹੋਈ ਆ। ਸ਼ੁਰੂਆਤੀ ਦੌਰ ਦੇ ਵਿੱਚ ਟਰੰਪ ਹੁਣੀ ਉੱਥੇ ਲੀਡ ਕਰ ਰਹੇ ਆ। ਇਹ ਅਜੇ 4000-5000 ਵੋਟ ਹੀ ਜਿਹੜੀ ਮਹਿਜ ਕਾਊਂਟ ਜਿਹੜੀ ਹੋਈ ਆ। ਉੱਥੇ ਹਰ ਸੈਕਿੰਡ ਜਿਹੜੀ ਉਹ ਚੇਂਜ ਹੋਣੀ ਆ। ਉੱਥੇ ਦੀਆਂ 8 ਇਲੈਕਟਰਲ ਵੋਟਾਂ ਨੇ, ਵਾਸ਼ਿੰਗਟਨ ਦੀਆਂ 12 ਨੇ। ਸੋ ਕੁੱਲ ਮਿਲਾ ਕੇ ਜਿਹੜੀਆਂ 74 ਵੋਟਾਂ ਜਿਹੜੀਆਂ ਵੈਸਟ ਕੋਸਟ ਦੇ ਉੱਤੇ ਉਹ ਮੋਸਟ ਪ੍ਰੋਬੇਬਲੀ ਇਸ ਟਾਈਮ ਲੱਗ ਰਿਹਾ ਆ ਵੀ ਉਹ ਹੈਰਿਸ ਦੇ ਖਾਤੇ ਦੇ ਵਿੱਚ ਜਾ ਸਕਦੀ ਹੈ। ਸੋ ਬਿਲਕੁਲ ਰਾਜਕਨਵੀਰ ਸਿੰਘ, ਜਿਹੜੀਆਂ ਤਿੰਨੇ ਸਟੇਟਾਂ ਹੈ ਨਾ, ਕੈਲੀਫੋਰਨੀਆ, ਵਾਸ਼ਿੰਗਟਨ ਤੇ ਔਰੇਗਨ, ਮੋਸਟਲੀ ਇਹ ਲੈਫਟ ਲੀਨਿੰਗ ਰਹੀਆਂ, ਡੈਮੋਕ੍ਰੇਟ ਰਹੀਆਂ।
ਪਰ ਪਿਛਲੇ ਸਾਲਾਂ ਦੇ ਵਿੱਚ ਹੋਮਲੈਸਨੈਸ ਵਾਲਾ ਤੇ ਕ੍ਰਾਈਮ ਵਾਲਾ ਇਸ਼ੂ ਜਿਹੜਾ ਹੈ, ਪੋਰਟਲੈਂਡ ਸ਼ਹਿਰ ਦਾ ਕੀ ਹਾਲ ਹੋਇਆ, ਉਹ ਤੋਂ ਲੋਕ ਬੜੇ ਅਪਸੈਟ ਆ। ਵਾਸ਼ਿੰਗਟਨ ਦਾ ਡਾਊਨਟਾਊਨ ਆਲਮੋਸਟ ਉਦੇ Ruin ਖਾਲੀ ਹੋ ਆ ਗਿਆ। ਜਿੱਦਾਂ ਸੈਨ ਫਰਾਂਸਿਸਕੋ ਦਾ ਹੈ। ਸਹੀ ਗੱਲ ਹੈ। ਸੋ ਇਹ ਇਸ ਚੀਜ਼ ਤੇ ਲੋਕਾਂ 'ਚ ਗੁੱਸਾ ਆਏਗਾ, ਪਰ ਇਹ ਨਹੀਂ ਹੈ ਵੀ ਇਸ ਕਰਕੇ ਇਹ ਰੈੱਡ ਵੱਲ ਚਲੇ ਜਾਣਗੀਆਂ। ਪਰ ਮੈਨੂੰ ਲੱਗਦਾ ਵੀ ਤਿੰਨੇ ਸਟੇਟਾਂ ਜਿਹੜੀਆਂ ਡੈਮੋਕ੍ਰੇਟਸ ਨੂੰ ਜਾਣੀਆਂ ਆ, ਪਰ ਲੋਕਾਂ 'ਚ ਗੁੱਸਾ ਜ਼ਰੂਰ ਹੈਗਾ। ਹਰਜੋਤ ਸਿੰਘ ਜੀ, ਨੋ ਡਾਊਟ ਹਰਵਿੰਦਰ, ਹਰਜੋਤ, ਇੱਥੇ ਇੱਕ ਚੀਜ਼ ਜਿਹੜੀ ਦੂਜੀ ਪਾਰਟੀ ਉਹਨੂੰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਵਿਚਾਰਨ ਦੀ ਲੋੜ ਆ। ਰੀਜ਼ਨ ਉਸ ਦੇ ਵਿੱਚ ਇਹੀ ਆ, ਤੁਹਾਡੇ ਬਹੁਤ ਸਾਰੀ ਵੋਟ ਜਿਹੜੀ ਸ਼ਿਫਟ ਹੋ ਰਹੀ ਆ। ਅੱਜ ਆਪਾਂ ਜਦ ਸਵੇਰੇ ਕਾਲਾਂ ਲੈ ਰਹੇ ਸੀਗੇ, ਸਾਰੇ ਜਣੇ ਦੱਸ ਰਹੇ ਸੀ 20-20 ਸਾਲ ਦੇ ਜਿਹੜੇ ਡੈਮੋਕ੍ਰੇਟਸ ਆ, ਉਹਨਾਂ ਨੇ ਆਪਣੀਆਂ ਜਿਹੜੀਆਂ ਵੋਟਾਂ ਆ ਉਹ ਰੀ ਰਜਿਸਟਰ ਜਿਹੜੀ ਆ ਪਾਰਟੀ ਪ੍ਰੈਫਰੈਂਸ ਜਿਹੜੀ ਉਹ ਰਿਪਬਲਿਕਨ ਵੱਲ ਨੂੰ ਗਈ ਆ, ਕਿਉਂਕਿ ਉਹ ਕਹਿੰਦੇ ਵੀ ਸਾਨੂੰ ਪਸੰਦ ਨਹੀਂ ਹੈਗਾ ਇਸ ਮੌਕੇ ਜਿੱਧਰਲੇ ਪਾਸੇ ਨੂੰ ਕੈਲੀਫੋਰਨੀਆ ਦੀ ਸਟੇਟ ਜਿਹੜੀ ਉਹ ਜਾ ਰਹੀ ਆ। ਸੋ ਇਹ ਖੋਰਾ ਤਾਂ ਉਹਨਾਂ ਦੀਆਂ ਵੋਟਾਂ ਨੂੰ ਡੈਫੀਨੇਟਲੀ ਲੱਗ ਰਿਹਾ ਹੈਗਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਇਹ ਰਿਐਲਿਟੀ ਆ। ਕੋਈ ਹੋ ਸਕਦਾ ਵੀ ਕਮਲਾ ਹੈਰਿਸ ਦੇ ਹੱਕ ਦਾ ਹੋਵੇ, ਹੋ ਸਕਦਾ ਡੋਨਲਡ ਟਰੰਪ ਦੇ ਹੱਕ ਦਾ ਹੋਵੇ, ਦੈਟਸ ਫਾਈਨ, ਉਹ ਤੁਹਾਡੀ ਆਪਣੀ ਪਰਸਨਲ ਰਾਏ ਆ, ਪਰ ਪਾਰਟੀਆਂ ਨੂੰ ਇਹ ਸਾਰੀਆਂ ਚੀਜ਼ਾਂ ਦੇਖਣ ਦੀ ਜ਼ਰੂਰਤ ਆ। ਐਰੀਜ਼ੋਨਾ ਦੀ ਕਾਊਂਟਿੰਗ ਸ਼ੁਰੂ ਹੋਈ ਆ ਹਰਜੋਤ ਸਿੰਘ ਜੀ, ਮਹਿਜ 40 ਵੋਟਾਂ ਦਾ ਦੋਨਾਂ ਦੇ ਵਿੱਚ ਜਿਹੜਾ ਉਹ ਫਰਕ ਆ। 40 ਵੋਟਾਂ ਦੇ ਨਾਲ ਡੋਨਲਡ ਟਰੰਪ ਇਸ ਟਾਈਮ ਲੀਡ ਕਰ ਰਿਹਾ ਆ ਐਰੀਜ਼ੋਨਾ ਦੇ ਵਿੱਚ 6,01,131 ਤੇ 6,01,091 ਵੋਟਾਂ ਜਿਹੜੀਆਂ ਇਹ ਦੋਨਾਂ ਦੇ ਜਿਹੜੇ ਕੈਂਡੀਡੇਟਸ ਨੂੰ ਜਿਹੜੀਆਂ ਉਹ ਕਾਊਂਟ ਹੋਈਆਂ ਆ। ਇਹ ਵੀ ਨਾਲ ਜਿਹੜਾ ਦੱਸਦੇ ਜਾਈਏ, ਜਿਹੜਾ ਕੈਨੇਡੀ ਸੀਗਾ, ਕੈਨੇਡੀ ਜੂਨੀਅਰ, ਉਹ ਵੀ ਵੋਟਾਂ ਦੇ ਵਿੱਚ ਪਹਿਲੋਂ ਰਨ ਕਰ ਰਿਹਾ ਸੀ ਐਜ਼ ਏ ਇੰਡੀਪੈਂਡੈਂਟ, ਪਰ ਉਸਨੇ ਅਖੀਰ ਦੇ ਵਿੱਚ ਟਰੰਪ ਹੁਣਾਂ ਦਾ ਕੁਝ ਮਹੀਨੇ ਪਹਿਲਾਂ ਜਿਹੜਾ ਆ ਉਹ ਸਾਥ ਦੇ ਦਿੱਤਾ ਤੇ ਆਪਣੇ ਨਾਲ ਦੇ ਨਾਲ ਸਮਰਥਕਾਂ ਨੂੰ ਇਹ ਵੀ ਕਿਹਾ ਵੀ ਭਾਈ ਤੁਸੀਂ ਜਿਹੜੀ ਵੋਟ ਆ ਉਹ ਟਰੰਪ ਨੂੰ ਹੀ ਜਿਹੜੀ ਉਹ ਪਾਉਣੀ ਆ, ਮੈਨੂੰ ਵੋਟ ਜਿਹੜੀ ਉਹ ਨਾ ਪਾਇਓ। ਪਰ ਫਿਰ ਵੀ ਜਦੋਂ ਆਪਾਂ ਦੇਖਦੇ ਆ ਵੀ ਲੋਕ ਜਦੋਂ ਬੈਲਟ ਦੇ ਉੱਤੇ ਆਉਂਦੇ ਆ, ਕਈਆਂ ਨੇ ਅਰਲੀ ਵੋਟਿੰਗ ਕਰ ਦਿੱਤੀ ਹੁੰਦੀ ਆ, ਉਹਨਾਂ ਨੂੰ ਵੋਟਸ ਜਿਹੜੀਆਂ ਉਹ ਜਾਂਦੀਆਂ ਆ। ਉਹ ਜੇ ਦੇਖਿਆ ਜਾਵੇ ਕੈਨੇਡੀ, ਓਲੀਵਰ ਤੇ ਸਟਾਈਨ, ਲਿਬਰਟੇਰੀਅਨ ਦੇ ਜਿਹੜੇ ਓਲੀਵਰ ਨੇ, ਜਲ ਸਟਾਈਨ ਜਿਹੜੇ ਆ ਉਹ ਗ੍ਰੀਨ ਪਾਰਟੀ ਦੇ ਨੇ, ਉਹ ਅੱਜ ਤੱਕ ਵੈਸੇ ਕਦੀ ਵਿਨ ਤਾਂ ਨਹੀਂ ਹੋਏ, ਪਰ ਫਿਰ ਵੀ ਜਿਹੜਾ ਉਹ ਆਪਾਂ ਦੇਖਦੇ ਆ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕੁਛ ਨਾ ਕੁਛ ਜਿਹੜੀਆਂ ਵੋਟਾਂ ਜਾਂਦੀਆਂ ਆ। ਜਿਹੜੀਆਂ ਜਾਰਜੀਆ, ਪੈਂਸਿਲਵੇਨੀਆ ਪਿਛਲੀ ਵਾਰ ਸੀ, ਉਹ ਸ਼ਾਇਦ ਉਹਨਾਂ ਦੀਆਂ ਵੋਟਾਂ ਦੇ ਨਾਲ ਹੀ ਜਿਹੜਾ ਉਹ ਫਰਕ ਪੈ ਸਕਦਾ ਸੀ, ਪਾਸੇ ਜਿਹੜੇ ਉਹ ਪਲਟ ਸਕਦੇ ਸੀ। ਜੀ ਹਰਵਿੰਦਰ ਜੀ। ਜੀ ਇਹ ਹੁਣੇ ਖਬਰ ਆਈ ਹੈ ਕਿ ਮੌਂਟਾਨਾ ਜਿਹੜਾ ਉਹ ਡੋਨਲਡ ਟਰੰਪ ਉੱਥੋਂ ਜਿੱਤ ਗਿਆ। ਮੌਂਟਾਨਾ ਟੈਕਨੀਕਲੀ ਤਾਂ ਰਿਪਬਲਿਕਨ ਸਟੇਟ ਹੀ ਰਹੀ, ਸਿਰਫ 1968 ਦੇ ਵਿੱਚ ਇੱਕ ਵਾਰੀ ਇਹ ਫਲਿਪ ਹੋਈ ਸੀ, ਪਰ ਜਿਹੜੀ ਹੁਣੇ ਕੁਝ ਸੈਕਿੰਡ ਪਹਿਲਾਂ ਨਿਊਜ਼ ਆਈ ਹੈ ਕਿ ਡੋਨਲਡ ਟਰੰਪ ਜਿਹੜੇ ਆ ਉਹ ਮੌਂਟਾਨਾ ਜਿੱਤ ਗਿਆ। ਸਾਡੇ ਇੱਕ ਕਾਲਰ ਆਏ ਸੀ, ਉਹ ਨਿਵਾਡਾ ਦੀ ਗੱਲ ਕਰਦੇ ਸੀ ਤੇ ਦੱਸਦੇ ਜੀ ਕਿ ਨਿਵਾਡਾ ਦੇ ਜਿਹੜੇ ਰਿਜ਼ਲਟ ਆ ਉਹ ਥੋੜੇ ਜਿਹੇ ਉਹਨਾਂ ਨੂੰ ਡਿਲੇ ਮਿਲਣਗੇ, ਕਿਉਂਕਿ ਸਟੇਟ ਦਾ ਨਿਵਾਡਾ ਦਾ ਰੂਲ ਇਹ ਆ ਕਿ ਜਿੰਨਾ ਚਿਰ ਤੱਕ ਅਖੀਰਲਾ ਬੰਦਾ ਜਿਹੜਾ ਲਾਈਨ ਵਿੱਚ ਲੱਗਾ ਹੋਇਆ ਉਹ ਆਪਣੀ ਵੋਟ ਨਹੀਂ ਪਾ ਲੈਂਦਾ, ਉਹਨਾਂ ਚਿਰ ਤੱਕ ਜਿਹੜੇ ਰਿਜ਼ਲਟ ਆ ਉਹਨੂੰ ਉੱਪਰ ਆਉਣੇ ਸ਼ੁਰੂ ਨਹੀਂ, ਕਾਊਂਟਿੰਗ ਸ਼ੁਰੂ ਨਹੀਂ ਹੋਣੀ ਜੀ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਲਾਸਟ ਬੰਦਾ ਵੋਟ ਕਾਊਂਟਿੰਗ ਸ਼ੁਰੂ ਨਹੀਂ ਹੋਣੀ। ਕੁਝ ਆਪਾਂ ਸਟੇਟਾਂ ਦੱਸਦੇ ਜਾਈਏ ਜਿਨ੍ਹਾਂ ਦੇ ਵਿੱਚ ਦੋਨੋਂ ਕੈਂਡੀਡੇਟ ਕਿਹੜੀ ਸਟੇਟ 'ਚ ਅੱਗੇ ਜਾ ਰਹੇ ਹੈਗੇ ਆ। ਕਮਲਾ ਹੈਰਿਸ ਹੁਣੀ ਕੋਲੋਰਾਡੋ 'ਚ ਤੇ ਪੈਂਸਿਲਵੇਨੀਆ ਤੇ ਨਿਊ ਹੈਂਪਸ਼ਾਇਰ ਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਅੱਗੇ ਜਾ ਰਹੇ, 4 ਸਟੇਟਾਂ 'ਚ। ਡੋਨਲਡ ਟਰੰਪ ਹੁਣੀ ਓਰੇਗਨ 'ਚ, ਐਰੀਜ਼ੋਨਾ, ਨਿਊ ਮੈਕਸੀਕੋ, ਕੈਂਸਸ, ਆਇਓਵਾ, ਵਿਸਕੌਨਸਨ, ਮਿਨੇਸੋਟਾ ਤੇ ਜਾਰਜੀਆ, ਨਾਰਥ ਕੈਰੋਲੀਨਾ, ਵਰਜੀਨੀਆ ਤੇ ਪੈਂਸਿਲਵੇਨੀਆ। ਸੋ ਇਹ ਜਿਹੜੀ ਪੈਂਸਿਲਵੇਨੀਆ ਬੜੀ ਫਸਵੀਂ ਸਟੇਟ ਆ, ਸੋ ਬੜਾ ਥੋੜਾ ਫਰਕ ਆ। 45% ਰਿਪੋਰਟਿੰਗ ਹੋਈ ਆ, 15,57,524 ਡੋਨਲਡ ਟਰੰਪ ਉਹਨਾਂ ਦੇ ਕੋਲ ਆ ਤੇ 15,40,207 ਕਮਲਾ ਹੈਰਿਸ ਉਹਨਾਂ ਕੋਲ ਆ। ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਪਿਛਲੀ ਵਾਰੀ ਦੱਸਿਆ ਸੀ ਵੀ ਜਦੋਂ ਅਸੀਂ ਰਾਤ ਨੂੰ ਗਏ ਸੀ 2 ਲੱਖ ਦੇ ਵੋਟ ਦੇ ਫਰਕ ਨਾਲ ਟਰੰਪ ਨਹੀਂ ਅੱਗੇ ਸੀਗੇ, ਪਰ ਜਦੋਂ ਸਵੇਰੇ ਉੱਠੇ ਤੇ ਉਹ ਫਿਰ ਉਹ ਸਟੇਟ ਹਾਰ ਗਏ ਸੀ। ਸੋ ਉਹਦੇ ਵਿੱਚ ਇਦਾਂ ਸੀਗਾ ਵੀ ਜਿੱਦਾਂ ਹੁਣੇ ਹਰਵਿੰਦਰ ਨੇ ਜਿਹੜੀ ਗੱਲ ਕੀਤੀ ਆ ਵੀ ਕਈ ਥਾਵਾਂ ਦੇ ਉੱਤੇ ਜਿਹੜੀਆਂ ਤੁਹਾਡੀਆਂ ਐਬਸੈਂਟੀ ਬੈਲਟ ਜਿਹਨੂੰ ਕਹਿ ਦਿੰਦੇ ਆ, ਮੇਲ ਇਨ ਬੈਲਟ ਜਿਹੜੀ ਹੁੰਦੀ ਆ, ਉਹ ਬਾਅਦ ਦੇ ਵਿੱਚ ਕਾਊਂਟ ਹੁੰਦੀਆਂ, ਖੁੱਲਦੀਆਂ ਬਾਅਦ ਚ ਆ। ਪਿਛਲੇ ਵਾਰ ਦੇ ਨਾਲੋਂ ਇਸ ਵਾਰ ਕਾਊਂਟਿੰਗ ਦੇ ਪ੍ਰੋਸੈਸ ਦੇ ਵਿੱਚ ਕਹਿੰਦੇ ਤੇਜ਼ੀ ਲਿਆਂਦੀ ਗਈ ਆ। ਉਸ ਦੇ ਵਿੱਚ ਜਿਹੜੀਆਂ ਨਵੀਆਂ ਜਿਹੜੀਆਂ ਮਸ਼ੀਨਾਂ, ਬੈਟਰ ਮਸ਼ੀਨਾਂ ਜਿਹੜੀਆਂ ਆ ਉਸ ਦੇ ਵਿੱਚ ਹੋਣਗੀਆਂ, ਟੈਬੂਲੇਸ਼ਨਸ ਜਿਹੜੀਆਂ ਉਹ ਹੋਣਗੀਆਂ। ਪਰ ਕਈ ਥਾਵਾਂ ਦੇ ਉੱਤੇ ਆਪਾਂ ਦੇਖਿਆ ਵੀ ਪਿਛਲੇ 4 ਸਾਲਾਂ ਦੇ ਵਿੱਚ ਇਲੈਕਸ਼ਨ ਦੇ ਨਤੀਜਿਆਂ ਨੂੰ ਜਦੋਂ ਟਰੰਪ ਹੁਣਾਂ ਨੇ ਨਕਾਰਿਆ ਸੀਗਾ, ਜਿੰਨਾ ਰੌਲਾ ਰੱਪਾ ਪਿਆ, ਉਹਦਾ ਹਰ ਇੱਕ ਕੇਸ ਉਹ ਇਸ ਪੂਰੇ ਮਾਮਲੇ 'ਚ
ਹਾਰੇ ਆ, ਕਿਤੇ ਵੀ ਉਹਨਾਂ ਦੀ ਜਿੱਤ ਨਹੀਂ ਹੋਈ, ਪਰ ਫਿਰ ਵੀ ਉਹਦੇ ਕਰਕੇ ਉਸ ਚੀਜ਼ ਨੂੰ ਦੇਖਦੇ ਹੋਏ ਬਹੁਤ ਸਾਰੇ ਸਟੇਟਸ ਦੇ ਵਿੱਚ ਕਾਉਂਟੀਜ਼ ਨੇ ਆਪੋ ਆਪਣੇ ਪੱਧਰ ਦੇ ਉੱਤੇ ਇਲੈਕਸ਼ਨ ਦੇ ਨਤੀਜੇ ਕਿੱਦਾਂ ਐਲਾਨਣੇ ਆ, ਕਿੱਦਾਂ ਕਾਊਂਟਿੰਗ ਹੋਣੀ ਆ, ਉਹਦੇ ਵਿੱਚ ਤਬਦੀਲੀਆਂ ਜਿਹੜੀਆਂ ਉਹ ਲਿਆਂਦੀਆਂ ਹੈਗੀਆਂ ਆ। ਸੋ ਫਾਰ ਸੈਨੇਟ ਦੇ ਵਿੱਚ ਜਿੱਦਾਂ ਆਪਾਂ ਤੁਹਾਨੂੰ ਦੱਸਿਆ, ਨਾਲ ਹੀ ਆਪਾਂ ਉਹ ਗੱਲ ਕਰਦੇ ਜਾਈਏ, ਇੱਕ ਸਟੇਟ ਨੂੰ ਆਲਰੇਡੀ ਫਲਿੱਪ ਜਿਹੜੀ ਆ ਉਹ ਕਰ ਚੁੱਕੇ ਆ। ਜਿਹੜੀਆਂ ਐਰੀਜ਼ੋਨਾ ਦੀ ਜਿਹੜੀ ਸੈਨੇਟ ਦੀ ਰੇਸ ਆ, ਜਿੱਥੇ ਰੂਬਨ ਗਲੇਗੋ ਤੇ ਕੈਰੀ ਲੇਕ ਰਿਪਬਲਿਕਨ ਪਾਰਟੀ ਵੱਲੋਂ ਆਮੋ ਸਾਹਮਣੇ ਆ, ਉੱਥੇ ਜਿਹੜੀ ਕੈਰੀ ਲੇਕ ਆ ਹਾਲ ਦੀ ਘੜੀ ਪਛੜ ਰਹੀ ਆ। ਟਰੰਪ ਹੋਣਾ ਦੀ ਉਹ ਬੜੀ ਵੱਡੀ ਸਮਰਥਕ ਆ, ਉਸ ਨੂੰ ਇਹ ਵੀ ਇੱਕ ਟਾਈਮ ਦੇ ਉੱਤੇ ਲੱਗਦਾ ਸੀਗਾ ਵੀ ਸ਼ਾਇਦ ਵਾਈਸ ਪ੍ਰੈਜ਼ੀਡੈਂਟ ਦੇ ਲਈ ਉਸ ਨੂੰ ਉਹ ਆਪਣੇ ਕੈਂਡੀਡੇਟ ਦੇ ਤੌਰ ਦੇ ਉੱਤੇ ਨੋਮੀਨੇਟ ਕਰ ਸਕਦੇ ਆ, ਪਰ ਹਾਲ ਦੀ ਘੜੀ ਉਹ ਤਕਰੀਬਨ 7 ਤੋਂ 8% ਵੋਟਾਂ ਦੇ ਨਾਲ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਰੂਬਨ ਗਲੇਗੋ ਆ ਉਹਨਾਂ ਤੋਂ ਪਿੱਛੇ ਚੱਲ ਰਹੀ ਆ ਜੀ। ਜਿਹੜੀਆਂ ਫਸਵੀਆਂ ਸਟੇਟਸ ਆ ਉਹਨਾਂ 'ਚ ਬੜਾ ਜਿਹੜਾ ਡਿਫਰੈਂਸ ਆ ਉਹ ਘੱਟ ਆ। ਵਿਸਕੌਨਸਨ ਦੇ ਵਿੱਚ 34% ਰਿਪੋਰਟਿੰਗ ਹੋਈ ਆ, ਤੇ ਕਮਲਾ ਹੈਰਿਸ ਉਹਨਾਂ ਦਾ ਹੱਥ ਥੋੜਾ ਜਿਹਾ ਉੱਤੇ ਹੋਇਆ ਹੁਣ 5,58,454 ਤੇ ਡੋਨਲਡ ਟਰੰਪ ਉਹਨਾਂ ਦੀਆਂ 5,56,956, 1500 ਵੋਟਾਂ ਦਾ ਫਰਕ ਚੱਲ ਰਿਹਾ ਹੈਗਾ। ਇਸੇ ਤਰ੍ਹਾਂ ਮਿਸ਼ੀਗਨ ਦੇ ਵਿੱਚ ਕਮਲਾ ਹੈਰਿਸ ਉਹਨਾਂ ਦੇ ਕੋਲ 4,48,409 ਤੇ ਡੋਨਲਡ ਟਰੰਪ ਉਹਨਾਂ ਕੋਲ 4,05,000 ਦੇ ਕਰੀਬ ਹੈਗੇ ਆ। 17% ਰਿਪੋਰਟ ਹੋਈ ਹੈਗੀ ਆ। ਆਇਓਵਾ ਦੇ ਵਿੱਚ ਵੀ ਬੜਾ ਥੋੜਾ ਫਰਕ ਹੈਗਾ। ਡੋਨਲਡ ਟਰੰਪ ਉਹਨਾਂ ਦੇ ਕੋਲ ਹੁਣ 3,16,315 ਆ ਤੇ ਕਮਲਾ ਹੈਰਿਸ ਕੋਲ 2,94,455, ਸਿਰਫ 34% ਰਿਪੋਰਟਿੰਗ ਹੋਈ ਆ। ਪਹਿਲਾਂ ਕਮਲਾ ਹੈਰਿਸ ਇੱਥੇ ਉੱਪਰ ਜਾ ਰਹੇ ਸੀ। ਸੋ ਹੁਣ ਇਹ ਜਿਹੜੀਆਂ ਸਟੇਟਾਂ ਹੈਗੀਆਂ ਨਾ, ਇਹਨਾਂ 'ਚ ਟਾਈਮ ਲੱਗੂਗਾ ਪੂਰੇ ਰਿਜ਼ਲਟ ਆਉਣ ਨੂੰ। ਖਾਸ ਕਰਕੇ ਜਿਹੜੀ ਪੈਂਸਿਲਵੇਨੀਆ ਵਾਲੀ ਸਟੇਟ ਹੈਗੀ ਆ, ਉਹ ਕਾਫੀ ਡਿਸਾਈਡਿੰਗ ਫੈਕਟਰ ਹੋਣੀ ਆ। 47% ਰਿਪੋਰਟਿੰਗ ਹੋਈ ਆ। ਡੋਨਲਡ ਟਰੰਪ ਉਹਨਾਂ ਦੇ ਕੋਲ ਹੁਣ 16,66,004 ਤੇ ਕਮਲਾ ਹੈਰਿਸ ਉਹਨਾਂ ਦੇ ਕੋਲ 16,21,631 ਵੋਟਾਂ ਹੈਗੀਆਂ ਇਸ ਟਾਈਮ ਜੀ। ਬਿਲਕੁਲ। ਦੂਸਰੀ ਵੀ ਆਪਾਂ ਵਰਜੀਨੀਆ ਦੀ ਇਸੇ ਤਰ੍ਹਾਂ ਗੱਲ ਕਰੀਏ ਤੇ ਡੋਨਲਡ ਟਰੰਪ ਤੇ ਕਮਲਾ ਹੈਰਿਸ ਦੇ ਉੱਥੇ ਵੀ ਫਸਵੀਂ ਟੱਕਰ ਚੱਲਦੀ ਪਈ ਆ। ਡੋਨਲਡ ਟਰੰਪ ਦੇ ਕਰੀਬ ਵੋਟਾਂ ਤੇ ਕਮਲਾ ਹੈਰਿਸ ਕੋਲ 14 ਲੱਖ ਤੇ 73,000 ਦੇ ਕਰੀਬ ਉਹਨਾਂ ਕੋਲ ਵੋਟਾਂ। ਸੋ ਉੱਥੇ ਵੀ ਜਿੰਨੇ ਵੀ ਇਹ ਸਟੇਟਸ ਜਿਨ੍ਹਾਂ ਦੇ ਜਿਹੜੇ ਡਿਸਾਈਡਿੰਗ ਸਟੇਟਸ ਜਿਨ੍ਹਾਂ ਨੂੰ ਕਹਿ ਸਕਦੇ ਹੋ ਤੇ ਕਾਫੀ ਫਸਵੀਂ ਟੱਕਰ ਚੱਲ ਰਹੀ ਆ। ਜਿਹੜੀ ਵਰਜੀਨੀਆ ਉਹਦੇ ਵਿੱਚ 64% ਜਿਹੜੀ ਰਿਪੋਰਟਿੰਗ ਹੋ ਚੁੱਕੀ ਹੈ। ਟੌਸ ਅਪ ਆ ਜੀ, ਬਿਲਕੁਲ। ਇਸ ਟਾਈਮ ਚਾਹੇ ਤੁਸੀਂ ਵਿਸਕੌਨਸਨ ਦੀ ਗੱਲ ਕਰ ਲਓ, ਐਰੀਜ਼ੋਨਾ ਦੀ ਗੱਲ ਕਰ ਲਓ, ਐਰੀਜ਼ੋਨਾ ਤੇ ਵਿੱਚ 1% ਦਾ ਫਰਕ ਨਹੀਂ, ਦੋਨੋਂ 49.6% ਤੇ ਡੋਨਲਡ ਟਰੰਪ ਤੇ ਉਹ ਉੱਥੇ ਜਾਰਜੀਆ ਦੇ ਵਿੱਚ ਡੋਨਲਡ ਟਰੰਪ 4% ਦੇ ਨਾਲ ਲੀਡ 'ਚ ਨੇ। ਮਿਸ਼ੀਗਨ ਦੇ ਵਿੱਚ ਕਮਲਾ ਹੈਰਿਸ 4% ਦੇ ਨਾਲ ਲੀਡ 'ਚ ਆ। ਨਵਾਡਾ ਦੇ ਵਿੱਚ ਅਜੇ ਕਾਊਂਟਿੰਗ ਸ਼ੁਰੂ ਹੋਣੀ ਆ। ਨਾਰਥ ਕੈਰੋਲੀਨਾ ਦੇ ਵਿੱਚ ਡੋਨਲਡ ਟਰੰਪ 5% ਦੇ ਨਾਲ ਲੀਡ ਕਰ ਰਹੇ ਆ। ਪੈਂਸਿਲਵੇਨੀਆ ਦੇ ਵਿੱਚ ਡੋਨਲਡ ਟਰੰਪ 1.5% ਦੇ ਨਾਲ ਜਿਹੜਾ ਉਹ ਲੀਡ ਕਰ ਰਹੇ ਆ ਤੇ ਵਿਸਕੌਨਸਨ ਦੇ ਵਿੱਚ ਡੋਨਲਡ ਟਰੰਪ 1% ਦੇ ਨਾਲ ਜਿਹੜਾ ਉੱਥੇ 1.5% ਦੇ ਨਾਲ ਲੀਡ ਜਿਹੜਾ ਉਹ ਕਰ ਰਹੇ ਆ। ਸੋ ਬਹੁਤ ਸਾਰੀਆਂ ਜਿਹੜੀਆਂ ਟੌਸ ਅਪ ਸਟੇਟਸ ਨੇ ਤਾਂ ਉਹਨੂੰ ਲੈ ਕੇ ਜਿਹੜਾ ਇਸ ਟਾਈਮ ਇਹ ਸਾਰਾ ਕੁਝ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ ਜੀ। ਸੋ ਓਰੇਗਨ 'ਚ ਆਲਰੇਡੀ ਕਾਊਂਟਿੰਗ ਸਟਾਰਟ ਹੋ ਚੁੱਕੀ ਆ। ਵਾਸ਼ਿੰਗਟਨ ਤੇ ਕੈਲੀਫੋਰਨੀਆ ਇਹਨਾਂ ਦੇ ਵਿੱਚ ਜੋ ਆ ਆਪਣੀ ਕਾਊਂਟਿੰਗ ਹੋਣੀ ਆ। ਇੱਕ ਸਾਡੇ ਸਰੋਤੇ ਲਿਖਦੇ ਆ, ਕਹਿੰਦੇ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ। ਸੋ ਟਰੰਪ ਵਾਲਾ ਗੱਭਰੂ ਹੁਣ ਤਾਂ ਸੋ ਹਜੇ ਬਾਜੀ ਨਹੀਂ ਵੱਜੀ ਹੈ, ਹਜੇ ਕਾਫੀ ਫਸਵੀਂ ਜਿਹੜੀ ਟੱਕਰ ਹੋਣੀ, ਕਿਉਂਕਿ ਹੁਣ ਮੇਜਰ ਜਿਹੜਾ ਸੀਗਾ ਹੋ ਗਿਆ। ਹਜੇ ਕੈਲੀਫੋਰਨੀਆ ਦੇ ਜਦੋਂ ਇਲੈਕਟਰਲ ਵੋਟਸ ਆਣੀਆਂ ਆ ਤੇ ਇੱਕਦਮ ਕਮਲਾ ਹੈਰਿਸ ਉਹਨਾਂ ਦਾ ਨੰਬਰ ਉੱਤੇ ਜਾਣਾ ਹੈਗਾ। ਸੋ ਫਾਰ 198 ਇਲੈਕਟਰਲ ਵੋਟਸ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕੋਲ ਆ ਤੇ 109 ਵੋਟਸ ਜਿਹੜੀਆਂ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਦੇ ਕੋਲ ਹੈਗੀਆਂ। ਤੇ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ ਤੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ। ਕਿਸੇ ਵੀ ਸਟੇਟ ਵਿੱਚ ਹੋ, ਆਪਣੀ ਸਟੇਟ ਬਾਰੇ ਕੁਝ ਦੱਸਣਾ ਆ ਤਾਂ ਜਰੂਰ ਕਾਲ ਕਰ ਸਕਦੇ ਹੋ। 408 ਆਪਣੇ ਨਾਲ ਕਾਲਰ ਲਗਾਤਾਰ ਜੁੜ ਰਹੇ ਆ। ਹਰਜੋਤ ਸਿੰਘ ਜੀ ਮਾਫੀ ਚਾਹੁੰਦਾ, ਕਈਆਂ ਨੂੰ ਕਈ ਚਿਰ ਹੋਲਡ ਜਿਹੜਾ ਉਹ ਰੱਖਣਾ ਪੈ ਰਿਹਾ ਹੈ। ਫਿਰ ਉਹਨਾਂ ਨੂੰ ਲਓ, ਮੈਂ ਤਾਂ ਕਿਹਾ ਬਈ ਆਪਾਂ ਨੇ ਕੋਲ ਨੇ ਆਪਾਂ। ਬਿਲਕੁਲ ਜੀ। ਹਾਂਜੀ ਸਵਰਨਜੀਤ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕਰਾਂਗੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਵਰਨਜੀਤ ਜੀ ਦੱਸ ਦਿਆ ਕਰੋ ਕਿਹੜੀ ਸਟੇਟ ਜਾਂ ਕਿਹੜੇ ਸ਼ਹਿਰ ਤੋਂ ਬੋਲਦੇ ਆ, ਵੀ ਸਾਨੂੰ ਥੋੜਾ ਆਈਡੀਆ ਲੱਗ ਜਾਊਗਾ। ਹਾਂਜੀ ਬਾਈ ਜੀ, ਮੈਂ ਤੇ ਕੈਲੀਫੋਰਨੀਆ ਵਿੱਚ ਕਬੱਡੀ ਕਮੈਂਟਰ ਹਾਂ ਤੇ ਪਰ ਸਭ ਤੋਂ ਵਧੀਆ ਗੱਲ ਆ ਤੁਹਾਨੂੰ ਮੁਬਾਰਕਾਂ
ਵੀ ਆਪਣਾ ਇੱਕ ਲਾਈਵ ਦਾ ਜਿਹੜਾ ਅਦਾਰਾ ਪੰਜਾਬੀਆਂ ਨੂੰ ਮਿਲਿਆ, ਬਹੁਤ ਵਧੀਆ ਸੁਣਾਈ ਦਾ ਰੇਡੀਓ ਸਟੇਸ਼ਨ, ਤੇ ਬਹੁਤ ਵਧੀਆ ਤੁਸੀਂ ਨਿਊਜ਼ ਦੇ ਰਹੇ ਹੋ, ਤੇ ਥੋੜਾ ਥੈਂਕ ਯੂ, ਪ੍ਰਮਾਤਮਾ ਕਰੇ ਤੁਸੀਂ ਦਿਨ ਦੁਗਣੀ ਤਰੱਕੀ ਕਰੋ, ਤੇ ਬੜੀਆਂ ਵਧੀਆ ਨਿਊਜ਼ਾਂ। ਐਂ ਲੱਗਦਾ ਤੁਹਾਡੀਆਂ ਨਿਊਜ਼ਾਂ ਸੁਣ ਕੇ ਜਿਵੇਂ ਇੰਡੀਆ ਦੇ ਵਿੱਚ ਇਲੈਕਸ਼ਨ ਚੱਲਦੀ ਹੋਵੇ ਨਾ, ਬੜੀ ਤਰ੍ਹਾਂ ਦੇ ਨਾਲ ਟੱਕਰ ਚੱਲਦੀ ਆ ਤੇ ਮੁਕਾਬਲਾ ਹੀ ਬੜਾ ਸੋਹਣਾ ਤੇ ਬੜੀ ਵਧੀਆ ਕਲੀਅਰ ਤੁਸੀਂ ਜਿਹੜੀਆਂ ਨਿਊਜ਼ਾਂ ਦਿੰਦੇ ਆ, ਬਹੁਤ ਜਾਣਕਾਰੀ ਮਿਲਦੀ ਹੈ, ਤੇ ਥੋੜਾ ਥੈਂਕ ਯੂ ਸਾਰੇ ਭਰਾਵਾਂ ਨੂੰ। ਥੈਂਕ ਯੂ ਲਈ ਕਾਲ ਕੀਤੀ ਸਪੈਸ਼ਲੀ ਅੱਜ। ਥੈਂਕ ਯੂ ਜੀ ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਇਸ ਟਾਈਮ ਅਭੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟ੍ਰੇਨ ਤੋਂ ਸੁਣਨ ਵਾਲੇ ਜਿੰਨੇ ਵੀ ਸਾਰੇ ਸਰੋਤੇ ਹੈਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ ਤੇ ਕਾਫੀ ਐਕਸਾਈਟਡ ਹੈਗਾ। ਮੈਂ ਵੈਸੇ ਸੌਣ ਲੱਗਾ ਸੀਗਾ, ਮੈਨੂੰ ਲੱਗਦਾ ਨੀਂਦ ਰਾਤ ਤੁਹਾਡੇ ਪ੍ਰੋਗਰਾਮ ਨੂੰ। ਹੁਣ ਨਹੀਂ ਆਪਾਂ ਨੀਂਦ ਆਉਣ ਦਿੰਦੇ ਜੀ, ਬਿਲਕੁਲ। ਉਹੀ ਤਾਂ ਮੈਂ ਚਲੋ ਕਾਲ ਲਾ ਲੈਣੀ, ਦੇਖ ਲੈਣੀ 2 ਮਿੰਟ ਗੱਲ ਕਰਕੇ। ਗੱਲ ਇਦਾਂ ਹੈ ਕਿ ਦੇਖੋ ਰਿਜ਼ਲਟ ਦਾ ਤੁਸੀਂ ਤੁਹਾਡੇ ਕਹਿਣ ਵਾਂਗੂ ਨਾ, ਉਹ ਤਾਂ ਹੁਣ ਐਂਡ ਵਿੱਚ ਜੋ ਵੀ ਡਿਕਲੇਅਰ ਹੋਣਗੇ ਉਹ ਤੋਂ ਬਾਅਦ ਵਿੱਚ ਦੇਖਿਆ ਜੂ ਜਿੱਦਾਂ ਵੀ ਆਉਂਦਾ। ਪਰ ਗੱਲ ਇਹ ਹੈਗੀ ਆ ਵੀ ਜਿਸ ਤਰ੍ਹਾਂ ਨਾ ਜਿਹੜੇ ਅਮਰੀਕਾ ਦੇ ਲੋਕ ਆ, ਚਾਹੇ ਬਾਹਰੋਂ ਆ ਕੇ ਇੱਥੇ ਬਸੇ ਆ, ਚਾਹੇ ਇੱਧਰਲੇ ਆ, ਬਹੁਤ ਸਿਆਣੇ ਆ, ਇੰਟੈਲੀਜੈਂਟ ਆ। ਉਹਨਾਂ ਨੂੰ ਪਤਾ ਆ ਸਾਡੇ ਨਾਲ ਸਰਕਾਰਾਂ ਕੀ ਕਰ ਰਹੀਆਂ, ਕਿੱਦਾਂ ਨਹੀਂ ਕਰ ਰਹੀਆਂ। ਹਰ ਇੱਕ ਬੰਦਾ ਚਾਹੁੰਦਾ ਵੀ ਮੈਂ ਇੱਕ ਆਰਾਮ ਨਾਲ ਆਪਣੀ ਜ਼ਿੰਦਗੀ ਇੱਥੇ ਗੁਜ਼ਾਰਾਂ, ਸੇਫ ਰਵਾਂ, ਸਿਕਿਉਰ ਰਵਾਂ। ਮਹਿੰਗਾਈ ਦੀ ਜਿਹੜੀ ਚੀਜ਼ਾਂ ਆ, ਰੋਡ ਹੋ ਗਏ ਜਾਂ ਆਲੇ ਦੁਆਲਾ ਵਾਤਾਵਰਨ ਜਾਂ ਹੋਮਲੈਸਨੈਸ ਹੋ ਗਈ, ਇਹ ਸਾਰੀਆਂ ਚੀਜ਼ਾਂ ਲੋਕੀ ਮੋਨੀਟਰ ਕਰਦੇ। ਹੁਣ ਇਹਨਾਂ ਨੂੰ ਕਹਿ ਤਾਂ ਨਹੀਂ ਸਕਦੇ, ਨਾ ਇਹਨਾਂ ਨਾਲ ਕੋਈ ਲੜਦਾ ਕੋਈ ਜਾ ਕੇ ਨਾ। ਪਰ ਮੈਂ ਹੁਣ ਆਪਣੇ ਚਲੋ ਡੈਮੋਕ੍ਰੇਟ ਵੀ ਹੈਗੇ, ਹੁਣ ਆਪਣੇ ਪੰਜਾਬੀ ਹੈਗੇ ਆ, ਹਰ ਇੱਕ ਅਲੱਗ-ਅਲੱਗ ਚੁਆਇਸ ਹੁੰਦੀ ਹੈ, ਜਿੱਥੇ ਮਰਜ਼ੀ ਕੋਈ ਜਾ ਕੇ ਕਿਸੇ ਨੂੰ ਵੋਟ ਪਾ ਸਕਦਾ। ਪਰ ਮੈਂ ਤਾਂ ਇਹੀ ਦੱਸੂਗਾ ਵੀ ਸਾਡਾ ਮੈਸੇਜ ਹੈ ਜੇ ਪਬਲਿਕ ਦੇ ਤੌਰ ਤੇ ਜੇ ਡੈਮੋਕ੍ਰੇਟ ਸੁਣ ਰਹੇ ਹੈਗੇ ਤਾਂ ਉਹਨਾਂ ਤੱਕ ਪਹੁੰਚਾਉਣਾ ਵੀ ਤੁਹਾਡੀ ਪਰਫਾਰਮੈਂਸ ਮਾੜੀ ਆ, ਤੁਹਾਨੂੰ ਲੋਕ ਮੋਨੀਟਰ ਕਰਦੇ ਆ ਵੀ ਇੰਡੀਆ ਵਾਲਾ ਹਿਸਾਬ ਨਹੀਂ ਚੱਲਣਾ ਵੀ ਤੁਸੀਂ ਦੇਖਿਆ ਵੀ 4 ਸਾਲ ਲੁੱਟ-ਖਸੁੱਟ ਕਰ ਲਈ ਜਾਂ ਮਹਿੰਗਾਈ ਕਰ ਲਈ ਆ, ਅਖੀਰਲੇ ਜਾ ਕੇ 6 ਮਹੀਨੇ ਹਰ ਚੀਜ਼ ਤੁਸੀਂ ਪ੍ਰਾਈਸਾਂ ਕੰਟਰੋਲ ਕਰ ਲਈਆਂ ਜਾਂ ਰੋਡ ਵਗੈਰਾ ਨੂੰ ਪੈਚ ਲਾਉਣ ਲੱਗ ਪਏ ਜਾਂ ਬਿਲਡ ਕਰਨ ਲੱਗ ਪਏ। ਇਦਾਂ ਨਹੀਂ ਹੈਗਾ, ਤੁਸੀਂ ਵਿਨ ਕਰ ਸਕਦੇ। ਠੀਕ ਨਾ, ਤੁਸੀਂ ਆਪਣੀ ਪਰਫਾਰਮੈਂਸ ਵਧੀਆ ਦਿਓ, ਚਾਹੇ ਕੋਈ ਈਵਨ ਡੈਮੋਕ੍ਰੇਟ ਹੈਗੇ ਆ ਚਾਹੇ ਰਿਪਬਲਿਕਨ ਹੈਗੇ। ਅਗਰ ਰਿਪਬਲਿਕਨ ਨਹੀਂ ਕੇਅਰ ਕਰਨਗੇ ਤਾਂ ਲੋਕੀ ਉਹਨਾਂ ਨੂੰ ਨਕਾਰ ਕੇ ਤਾਂ ਫਿਰ ਡੈਮੋਕ੍ਰੇਟਸ ਨੂੰ ਲੈ ਆਉਣਗੇ। ਠੀਕ ਹੈ ਨਾ, ਤਾਂ ਬੈਸਟ ਹੈ ਕਿ ਆਪਣਾ ਅਮਰੀਕਾ ਨੂੰ ਪ੍ਰੋਗਰੈਸ ਦੇ ਰਾਹੇ ਤੋਰ ਕੇ ਰੱਖੋ, ਲੋਕੀ ਖੁਸ਼ ਰਹਿਣ, ਖੁਸ਼ਹਾਲ ਰਹਿਣ, ਤੇ ਐਵਰੀਥਿੰਗ ਸਹੀ ਚੱਲੂਗਾ ਤਾਂ ਤੁਹਾਨੂੰ ਆਪਣੇ ਆਪ ਹੀ ਤੁਹਾਨੂੰ ਵੋਟਾਂ ਮਿਲਣਗੀਆਂ, ਕਿਉਂ ਨਹੀਂ ਕੋਈ ਨਾ। ਤੇ ਬਾਕੀ ਥੈਂਕ ਯੂ ਸੋ ਮਚ ਫॉर ਟੇਕਿੰਗ ਮਾਈ ਕਾਲ, ਤੇ ਬਾਕੀ ਹੋਰ ਨੂੰ ਵੀ ਮੌਕਾ ਦਿਓ ਤੇ ਸੁਣ ਰਿਹਾ ਤੁਹਾਡਾ ਪ੍ਰੋਗਰਾਮ। ਥੈਂਕ ਯੂ ਸੋ ਮਚ। ਧੰਨਵਾਦ ਜੀ, ਮਿਹਰਬਾਨੀ। ਜਿਨ੍ਹਾਂ ਦੀਆਂ ਕਾਲਸ ਡ੍ਰੌਪ ਹੋ ਗਈਆਂ ਸੀ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਮੁੜ ਦੁਬਾਰਾ ਜਿਹੜਾ ਉਹ ਕਾਲ ਕਰ ਲਓ। ਨੰਬਰ ਹੈ ਜੀ 408 272 5200 408 272 5200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੈਗੇ ਆ ਜੀ। ਸੋ ਇਸ ਵਾਰੀ ਮੇਨ ਮੁੱਦੇ ਜਿੱਦਾਂ ਹਮੇਸ਼ਾ ਹੀ ਆਪਾਂ ਪਿਛਲੇ 2 ਮਹੀਨਿਆਂ ਚ ਦੱਸਦੇ ਰਹੇ ਹਾਂ, 2-3 ਮਹੀਨੇ ਤੋਂ ਹੀ ਭਈ ਕ੍ਰਾਈਮ ਨੂੰ ਲੈ ਕੇ, ਹੋਮਲੈਸਨੈਸ ਨੂੰ ਲੈ ਕੇ, ਇਕੋਨਮੀ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ, ਅਬੋਰਸ਼ਨ ਰਾਈਟਸ ਵਾਲੇ ਗਲੋਬਲ ਲੈਵਲ ਦੇ ਉੱਤੇ ਲੜਾਈਆਂ ਚੱਲ ਰਹੀਆਂ। ਅਮਰੀਕਾ ਦਾ ਕਿੰਨਾ ਪੈਸਾ ਬਾਹਰ ਜਾ ਰਿਹਾ, ਅਮਰੀਕਾ ਬਾਹਰ ਪੂਰੇ ਦੁਨੀਆ ਤੇ ਕੰਟਰੋਲ ਕਰਨਾ ਚਾਹੁੰਦਾ ਜਾਂ ਨਹੀਂ ਚਾਹੁੰਦਾ। ਸੋ ਇਹ ਜਿਹੜੇ ਮੁੱਦੇ ਆ, ਹਰ ਇੱਕ ਮੁੱਦਾ, ਕਿਸੇ ਦਾ ਕੋਈ ਮੁੱਦਾ ਹੁੰਦਾ, ਕਿਸੇ ਦਾ ਕੋਈ ਹੁੰਦਾ, ਉਹ ਦੇਖਦਾ ਵੀ ਕਿਹੜਾ ਕੈਂਡੀਡੇਟ ਵਧੀਆ ਕਰ ਸਕਦਾ ਹੈਗਾ। ਇੱਦਾਂ ਨਹੀਂ ਹੈ ਵੀ ਤੁਸੀਂ ਕਹਿ ਸਕਦੇ ਵੀ ਜੀ ਆਹ ਬੰਦਾ ਜਿਹੜਾ ਇਹ ਜਮੋਂ ਹੀ ਨਿਕੰਮਾ ਹੈ। ਇੱਦਾਂ ਨਹੀਂ, ਹੁਣ ਤੱਕ 42.5 ਮਿਲੀਅਨ ਵੋਟਾਂ ਟਰੰਪ ਉਹਨਾਂ ਨੂੰ ਪੈ ਚੁੱਕੀਆਂ ਤੇ 37.5 ਮਿਲੀਅਨ ਵੋਟਾਂ ਕਮਲਾ ਹੈਰਿਸ ਉਹਨਾਂ ਨੂੰ ਜਿਹੜੀਆਂ ਪਈਆਂ ਉਹ ਕਾਊਂਟ ਹੋ ਚੁੱਕੀਆਂ ਹੈਗੀਆਂ ਜੀ। ਬਿਲਕੁਲ। ਅਗਲੇ ਆਪਣੇ ਕਾਲਰ ਨੇ ਰਣਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਕੀ ਹਾਲ ਹੈ? ਬਹੁਤ ਵਧੀਆ ਜੀ, ਠੀਕ ਠਾਕ ਜੀ। ਮੈਂ ਆਪਾਂ ਨੂੰ ਮਿਲੇ ਜੀ ਬਸ਼ਰੀ ਵੀ ਤੁਹਾਡਾ ਬਹੁਤ ਧੰਨਵਾਦ ਕੀਤਾ ਸੀ ਕਿ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਦੇ ਰਹੇ ਹੋ, ਬਹੁਤ ਵਧੀਆ ਜਾਣਕਾਰੀ ਮਿਲ ਰਹੀ ਸਾਨੂੰ। ਥੈਂਕ ਯੂ, ਤੁਹਾਡਾ ਬਹੁਤ ਧੰਨਵਾਦ। ਤੁਹਾਡੇ ਚਿਹਰੇ ਬਹੁਤ ਸੋਹਣੇ ਲੱਗ ਰਹੇ, ਬਹੁਤ ਤੁਸੀਂ ਬੜੇ ਖੁਸ਼ ਨਜ਼ਰ ਆ ਰਹੇ ਹੋ। ਬਹੁਤ ਤੁਹਾਡੀ ਕਿਰਪਾ ਕਰੇ, ਸੱਚੇ ਪਾਤਸ਼ਾਹ ਮਿਹਰ ਤੁਹਾਨੂੰ ਮਿਹਰ ਕਰੇ, ਤਰੱਕੀਆਂ ਬਖਸ਼ੇ ਤੇ ਸਮੇਂ ਏਦਾਂ ਹੀ ਵਧੀਆ ਨਿਊਜ਼ਾਂ ਦਿੰਦੇ ਰਹੋ। ਧੰਨਵਾਦ ਤੁਹਾਡਾ, ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ। ਸੋ ਇੱਕ ਜਿਹੜਾ ਜੀ, ਬਿਲਕੁਲ ਥੈਂਕ ਯੂ ਇਹਨਾਂ ਦਾ। ਤੇ ਹਰਜੋਤ ਜੀ, ਹਰਵਿੰਦਰ ਜੀ, ਥੋੜਾ ਜਿਹਾ ਮੈਂ ਇਹਦੇ ਵਿੱਚ ਨਾਲ ਜਿਹੜਾ ਕਰਦਾ ਜਾਵਾਂ, ਆਪਾਂ ਜਿਹੜਾ ਕੁਛ ਨਾਲ ਵਿੱਚ ਐਨਾਲਿਸਿਸ ਵੀ ਕਰਦੇ ਜਿਹੜਾ ਉਹ ਨਾਲ ਜਾਣਾ ਆ। ਯੰਗ ਵੋਟਰਸ ਦਾ ਕਹਿੰਦੇ ਰੁਝਾਨ ਇਸ ਵਾਰ ਟਰੰਪ ਵੱਲ ਨੂੰ ਝੁਕਿਆ ਹੈਗਾ ਆ। ਕਹਿੰਦੇ ਵੀ ਚਾਹੇ ਛੋਟਾ ਹੀ ਸਹੀ, ਪਰ ਇਹ ਜਿਹੜਾ ਡਿਫਰੈਂਸ ਆ ਉਹ ਦੇਖਣ ਨੂੰ ਮਿਲਿਆ। ਟਰੰਪ ਹੋਣਾ ਦੇ ਆਪਾਂ ਇਹ ਚੀਜ਼ ਦੇਖੀ ਵੀ ਜਿਹੜੇ ਸੋਸ਼ਲ ਮੀਡੀਆ ਦੇ ਇਨਫਲੂਐਂਸਰਸ ਆ ਉਹਨਾਂ ਦਾ ਬਹੁਤ ਜ਼ਿਆਦਾ ਝੁਕਾਵ ਜਿਹੜਾ ਟਰੰਪ ਹੋਣਾ ਵੱਲ ਨੂੰ ਰਿਹਾ, ਜਿਹਦੇ ਕਰਕੇ ਜਿਹੜੇ ਉਹਨਾਂ ਇਨਫਲੂਐਂਸਰਸ ਨੂੰ ਵਾਚ ਕਰਦੇ ਆ ਉਹਨਾਂ ਨੇ ਵੀ ਜਿਹੜੀ ਵੋਟ ਆ ਜਿਹੜੇ ਟਰੰਪ ਹੋਣਾ ਦੇ ਹੱਕ ਦੇ ਵਿੱਚ ਪਾਈ ਆ। 2020 ਦੀਆਂ ਕਹਿੰਦੇ ਰੇਸਾਂ ਤੋਂ, ਜਿਹੜੇ ਸਿਮਿਲਰ ਰੇਸਾਂ ਤੋਂ ਜਿਹੜਾ ਦੇਖ ਕੇ ਪਤਾ ਲੱਗ ਰਿਹਾ ਆ ਵੀ ਉਹਨਾਂ ਨੂੰ ਜਿਹੜੀਆਂ ਵੋਟਾਂ ਆ ਪ੍ਰੈਜ਼ੀਡੈਂਟ ਬਾਈਡਨ ਦੇ ਮੁਕਾਬਲੇ ਪਿਛਲੀ ਵਾਰ ਦੇ ਨਾਲੋਂ ਟਰੰਪ ਹੋਣਾ ਨੂੰ ਹੁਣ ਇਸ ਵਾਰ ਜ਼ਿਆਦਾ ਜਿਹੜੀਆਂ ਉਹ ਪੈ ਰਹੀਆਂ ਆ। ਇੱਕ ਪਾਸੇ ਤਾਂ ਹੈਰਿਸ ਸੀਗੇ ਜਿਨ੍ਹਾਂ ਨੂੰ ਕਹਿੰਦੇ 10 ਦੇ ਵਿੱਚੋਂ
ਵੋਟਰਸ ਅੰਡਰ 30 ਦੀ ਆਪਾਂ ਗੱਲ ਕਰ ਰਹੇ ਹਾਂ, 30 ਸਾਲ ਤੋਂ ਘੱਟ ਜਿਹੜੇ ਬੇਸਿਕਲੀ ਕਾਲਜ ਜਾਣ ਵਾਲੇ ਜਿਹੜੇ ਨੌਜਵਾਨ ਆ ਉਹਨਾਂ ਦੀ ਗੱਲ ਕਰ ਰਹੇ ਹਾਂ ਵੀ 10 ਚੋਂ 6 ਜਣੇ ਕਮਲਾ ਹੈਰਿਸ ਦੇ ਸੀਗੇ ਜਿਹੜੇ ਸਪੋਰਟਰ ਆ, ਤੇ 2020 ਦੇ ਵਿੱਚ ਜਿਹੜੇ ਟਰੰਪ ਹੋਣਾ ਦੇ ਲਈ 1/3 ਸੀਗੇ, 10 ਚੋਂ ਜਾਨੀ ਕਿ 3 ਸੀਗੇ, ਪਰ ਉਹ ਜਿਹੜੇ 3 ਦੀ ਬਜਾਏ ਇਸ ਵਾਰ 4 ਜਿਹੜੇ ਆ ਉਹ ਹੋ ਗਏ ਆ। ਸੋ ਚਾਹੇ ਉਹ 10% ਦਾ ਹੀ ਸ਼ਿਫਟ ਆ, ਪਰ ਉਹ ਇੱਕ ਵੱਡਾ ਸ਼ਿਫਟ ਜਿਹੜਾ ਉਹ ਆ ਜਾਂਦਾ ਆ, ਜਿਸ ਦੇ ਨਾਲ ਜਿਹੜਾ ਉਹ ਅਸਰ ਆਪਾਂ ਨੂੰ ਪੈਂਦਾ ਆ ਜੀ। ਤੇ ਇਸੇ ਤਰ੍ਹਾਂ ਡੈਲਵੇਅਰ ਸਟੇਟ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਸਟੇਟ ਹੈਗੀ ਆ, ਬਹੁਤ ਲੰਮਾ ਸਮਾਂ ਉਹ ਸੈਨੇਟਰ ਰਹੇ ਆ, ਫਿਰ ਵਾਈਸ ਪ੍ਰੈਜ਼ੀਡੈਂਟ ਰਹੇ ਆ, ਪ੍ਰੈਜ਼ੀਡੈਂਟ ਰਹੇ, ਆਲਮੋਸਟ 54 ਸਾਲ ਉਹਨਾਂ ਨੇ ਸਰਵ ਕੀਤਾ ਹੈਗਾ। ਸੋ ਉਸ ਸਟੇਟ ਤੋਂ ਲੀਜ਼ਾ ਬਲੰਟ ਰੋਚੈਸਟਰ ਉਹਨਾਂ ਨੂੰ ਪ੍ਰੋਜੈਕਟ ਕਰ ਦਿੱਤਾ ਗਿਆ ਵੀ ਉਹ ਵਿਨਰ ਆ, ਡੈਮੋਕ੍ਰੇਟ ਹੈਗੇ ਆ, ਡੈਮੋਕ੍ਰੇਟ ਕਾਂਗਰਸ ਵੂਮਨ ਜੀ। ਇੱਕ ਜਿਹੜੀ ਚੀਜ਼ ਕਹਿੰਦੇ ਵੀ ਇਸ ਟਾਈਮ ਜਿਹੜੀ ਕਮਲਾ ਹੈਰਿਸ ਤੇ ਉਹਨਾਂ ਦਾ ਕੈਂਪੇਨ ਬਾਰ-ਬਾਰ 2 ਅੱਖਰ ਵਰਤ ਰਿਹਾ ਆ, ਡੈਡ ਹੀਟ। ਕਹਿੰਦੇ ਵੀ ਆਪਾਂ ਇਸ ਟਾਈਮ ਡੈਡ ਹੀਟ ਦੇ ਵਿੱਚ ਆ, ਕੁਝ ਨਹੀਂ ਕਿਹਾ ਜਾ ਸਕਦਾ ਕੌਣ ਜਿੱਤੂਗਾ, ਕੌਣ ਜਿਹੜਾ ਆ ਉਹ ਹਾਰੂਗਾ। ਸੋ ਟਿਮ ਵਾਲਜ਼ ਤੇ ਕਮਲਾ ਹੈਰਿਸ ਦੀ ਜੋੜੀ ਇਹ ਕੀ ਜਿੱਤ ਪ੍ਰਾਪਤ ਕਰ ਸਕੂਗੀ, ਇਹ ਦੇਖਣ ਵਾਲੀ ਗੱਲ ਆ। ਇਵੈਂਚੁਅਲੀ ਹਰਜੋਤ ਸਿੰਘ ਜੀ ਜਿਹੜੀਆਂ ਤੇ ਹਰਵਿੰਦਰ ਜਿਹੜੀਆਂ ਬਲੂ ਵਾਲ ਤੇ ਜਿਹੜੀਆਂ ਰੈੱਡ ਵਾਲ ਆ, ਉਹ ਆਪਾਂ ਨੂੰ ਉਸੇ ਤਰੀਕੇ ਦੇ ਨਾਲ ਹੀ ਦੇਖਣ ਨੂੰ ਮਿਲੀਆਂ ਜਿੱਦਾਂ ਦੇ ਅਨੁਮਾਨ ਸੀਗੇ। ਇਹਦੇ ਵਿੱਚ ਕੋਈ ਫਰਕ ਜਿਹੜਾ ਉਹ ਆਪਾਂ ਨੂੰ ਬੜਾ ਨਹੀਂ ਨਜ਼ਰ ਆ ਰਿਹਾ। ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਐਰੀਜ਼ੋਨਾ ਦੇ ਵਿੱਚ ਹੁਣ ਕਮਲਾ ਹੈਰਿਸ ਜਿਹੜੀ ਆ ਉਹ ਅੱਗੇ ਜਿਹੜੀ ਹੋ ਗਈ ਆ। ਨਿਊ ਮੈਕਸੀਕੋ ਦੇ ਵਿੱਚ ਸ਼ੁਰੂਆਤ ਚ ਟਰੰਪ ਹੁਣੀ ਉੱਤੇ ਸੀਗੇ, ਤੇ ਹੁਣ ਕਮਲਾ ਹੈਰਿਸ ਜਿਹੜੇ ਆ ਉਹ ਵੀ ਜਿਹੜੇ ਉੱਤੇ ਅੱਗੇ ਜਿਹੜੇ ਹੋ ਗਏ ਆ। ਸੋ ਫਲਿਪ ਫਲॉप ਜਿਹੜਾ ਇਸ ਦੇ ਵਿੱਚ ਬਹੁਤ ਜ਼ਿਆਦਾ ਹੋਣਾ ਆ, ਬਹੁਤ ਜ਼ਿਆਦਾ ਇਸ ਦੇ ਵਿੱਚ ਆਪਾਂ ਨੂੰ ਫਰਕ ਨਜ਼ਰ ਆਉਂਦਾ ਰਹਿਣਾ। 198 ਇਸ ਟਾਈਮ ਜੇ ਮਿਲਾ ਕੇ ਜਿਹੜਾ ਦੱਸੇ ਜਾਈਏ ਤੇ 198 ਜਿਹੜੇ ਡੋਨਲਡ ਟਰੰਪ ਤੇ 109 ਜਿਹੜੇ ਕਮਲਾ ਹੈਰਿਸ ਆ। ਇਸ ਚੀਜ਼ ਦੇ ਵਿੱਚ ਇਸ ਟਾਈਮ ਜਿਹੜੇ ਉਹ ਲੱਗੇ ਆ। ਸੈਨੇਟ ਦੇ ਵਿੱਚ 47 ਸੀਟਾਂ ਦੇ ਉੱਤੇ ਰਿਪਬਲਿਕਨਸ ਤੇ 36 ਦੇ ਉੱਤੇ ਡੈਮੋਕ੍ਰੇਟ, ਹਾਊਸ ਦੇ ਵਿੱਚ 124 ਦੇ ਉੱਤੇ ਰਿਪਬਲਿਕਨ, 87 ਦੇ ਉੱਤੇ ਹਾਊਸ, ਗਵਰਨਰਸ ਦੇ ਵਿੱਚ 25 ਜਿਹੜੇ ਆ ਉਹ ਰਿਪਬਲਿਕਨ GOP ਦੇ, ਤੇ 22 ਜਿਹੜੇ ਆ ਉਹ ਇਸ ਮੌਕੇ ਜਿਹੜੇ ਗਵਰਨਰਸ ਆ ਉਹ ਡੈਮੋਕ੍ਰੇਟ ਪਾਰਟੀ ਦੇ ਚੱਲ ਰਹੇ ਨੇ। ਕੁਝ ਜਿਹੜੇ ਪਹਿਲੋਂ ਦੇ ਨੇ ਤੇ ਕੁਝ ਜਿਹੜੇ ਇਸ ਵਾਰ ਜਿਹੜੇ ਰਨ ਕਰ ਰਹੇ ਸੀਗੇ। ਜਾਰਜੀਆ ਕੀ ਰੇਸ ਹੈਗੀ ਆ, ਜਾਰਜੀਆ ਸਟੇਟ 82% ਰਿਪੋਰਟਿੰਗ ਹੋ ਚੁੱਕੀ ਆ, ਤੇ ਡੋਨਲਡ ਟਰੰਪ ਉਹਨਾਂ ਨੂੰ 51.9% ਤੇ ਕਮਲਾ ਹੈਰਿਸ ਨੂੰ 47.4%। 23,04,841 ਟਰੰਪ ਉਹਨਾਂ ਨੂੰ ਤੇ 21,02,922 ਕਮਲਾ ਹੈਰਿਸ ਉਹਨਾਂ ਨੂੰ। ਹੋ ਸਕਦਾ ਆ ਜਿੰਨੀ 82% ਰਿਪੋਰਟਿੰਗ ਆ ਵੀ ਟਰੰਪ ਹੋਣੀ ਜਾਰਜੀਆ ਸਟੇਟ ਲੈ ਜਾਣ। ਪਿਛਲੀ ਵਾਰੀ ਇਹ ਲੂਜ਼ ਕਰ ਗਿਆ ਸੀ, ਤੇ ਜਾਰਜੀਆ ਸਟੇਟ ਦੇ 16 ਇਲੈਕਟੋਰਲ ਵੋਟਸ ਹੈਗੀਆਂ ਜੀ। ਤੇ ਉੱਥੇ ਜਿਹੜਾ ਹਰਜੋਤ ਸਿੰਘ ਜੀ ਨਾਲ ਇਸ ਦੇ ਵਿੱਚ ਐਡ ਕਰਦੇ ਜਾਈਏ 2 ਮਿਲੀਅਨ ਜਿਹੜੀਆਂ ਉੱਥੇ ਐਬਸੈਂਟੀ ਬੈਲਟ ਆ। ਸੋ 2 ਮਿਲੀਅਨ ਐਬਸੈਂਟੀ ਬੈਲਟ ਦਾ ਮਤਲਬ ਇਹ ਆ ਵੀ ਇਸ ਵਿੱਚ ਜਦੋਂ ਦੀ ਕਾਊਂਟਿੰਗ ਸ਼ੁਰੂ ਹੋਣੀ ਆ ਉਸ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗਣਾ ਆ ਵੀ ਕੀ ਫਰਕ ਪੈਂਦਾ, ਕਿਉਂਕਿ ਹਾਲ ਦੀ ਘੜੀ ਸੇਮ ਪਿਛਲੇ ਸਾਲ ਵਾਲੀ ਪਿਛਲੀ ਇਲੈਕਸ਼ਨ ਵਾਲੀ ਸਿਚੁਏਸ਼ਨ ਆ। 2 ਲੱਖ ਵੋਟ ਦੇ ਨਾਲ ਉਹ ਅਹੈਡ ਨੇ, ਪਰ ਜਦੋਂ ਹੁਣ ਐਬਸੈਂਟੀ ਬੈਲਟ ਕਾਊਂਟ ਹੋਣੀਆਂ ਆ ਉਹਦੇ ਵਿੱਚ ਡੈਮੋਕ੍ਰੇਟਾਂ ਨੇ ਜ਼ਿਆਦੀਆਂ ਪਾਈਆਂ ਕਿ ਰਿਪਬਲਿਕਨਸ ਨੇ ਜ਼ਿਆਦਾ ਪਾਈਆਂ ਆ, ਉਸ ਦੇ ਨਾਲ ਜਿਹੜਾ ਉਹ ਅਸਰ ਪਵੇਗਾ ਜੀ। ਜੀ ਹਰਵਿੰਦਰ ਜੀ, ਐਰੀਜ਼ੋਨਾ ਤੇ ਨਿਊ ਮੈਕਸੀਕੋ ਦੀ ਆਪਾਂ ਗੱਲ ਕਰਦੇ ਹਾਂ ਤੇ ਇਹਨਾਂ ਦੇ 16 ਇਲੈਕਟੋਰਲ ਵੋਟਸ ਦਾ ਫਰਕ ਪੈਂਦਾ। ਤੇ ਕਮਲਾ ਹੈਰਿਸ ਜਿਹੜੇ ਆ ਭਾਵੇਂ ਕਿ ਕੰਪੀਟੀਸ਼ਨ ਕਾਫੀ ਐਰੀਜ਼ੋਨਾ ਦੇ ਵਿੱਚ ਚੱਲ ਰਿਹਾ, ਪਰ ਕਮਲਾ ਹੈਰਿਸ ਕੋਲ 8,76,038 ਵੋਟਾਂ ਤੇ ਡੋਨਲਡ ਟਰੰਪ ਹੋਣਾ ਕੋਲ 8,60,560 ਵੋਟਾਂ। ਸੋ ਭਾਵੇਂ ਕਿ ਕਮਲਾ ਹੈਰਿਸ ਪਰ ਜਿਹੜਾ ਕੰਪੀਟੀਸ਼ਨ ਆ ਉਹ ਬਹੁਤ ਸਖਤ ਆ। ਨਿਊ ਮੈਕਸੀਕੋ ਦੇ ਵਿੱਚ ਤਕਰੀਬਨ 30% ਰਿਪੋਰਟਿੰਗ ਹੋਈ ਆ ਤੇ ਉਹਦੇ ਵਿੱਚ ਤਕਰੀਬਨ 52% ਜਿਹੜੀ ਕਮਲਾ ਹੈਰਿਸ ਡਾਟ ਸ਼ੇਅਰ ਇਸ ਟਾਈਮ ਉਹਨਾਂ ਦੇ ਕੋਲ ਚੱਲ ਰਿਹਾ। ਸੋ ਅਜੇ ਵੀ ਕਾਫੀ ਜ਼ਿਆਦਾ ਜਿਹੜਾ ਸਖਤ ਕੰਪੀਟੀਸ਼ਨ ਹੈ ਨਾ ਸਟੇਟਸ ਵਿੱਚ ਆਪਾਂ ਨੂੰ ਵੇਖਣ ਨੂੰ ਮਿਲ ਰਿਹਾ। ਬ੍ਰੇਕਿੰਗ ਨਿਊਜ਼ ਆ ਰਹੀ ਹੈ ਮੈਰੀਲੈਂਡ ਦੀ। ਹਾਂਜੀ ਸੌਰੀ ਹਰਵਿੰਦਰ, ਬ੍ਰੇਕਿੰਗ ਨਿਊਜ਼ ਆ ਰਹੀ ਹੈ ਮੈਰੀਲੈਂਡ ਦੀ ਸੈਨੇਟ ਰੇਸ ਦੇ ਵਿੱਚੋਂ ਡੈਮੋਕ੍ਰੇਟ ਐਂਜਲਾ ਆਲਸੋ ਬਰੁਕਸ, ਉਹ ਉੱਥੋਂ ਦੇ ਜਿਹੜੇ ਸਾਬਕਾ ਗਵਰਨਰ ਰਿਪਬਲਿਕਨ ਪਾਰਟੀ ਦੇ ਲੈਰੀ ਹੋਗਨ ਆ, ਉਹਨਾਂ ਨੂੰ ਉੱਥੋਂ ਹਰਾ ਰਹੇ ਨੇ। ਸੋ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਐਂਜਲਾ ਆਲਸੋ ਬਰੁਕਸ ਆ ਉਹ ਮੈਰੀਲੈਂਡ ਦੀ ਸੈਨੇਟ ਰੇਸ ਜਿਹੜੀ ਆ ਉਹ ਜਿੱਤਦੀ ਹੋਈ ਨਜ਼ਰ ਆ ਰਹੀ ਆ। ਆਪਾਂ ਕਾਲਰਸ ਦੇ ਵੱਲ ਵੀ ਜਿਹੜਾ ਹਰਜੋਤ ਸਿੰਘ ਜੀ ਵੱਧਦੇ, ਆਪਣੇ ਕਾਲਰ ਅਗਲੇ ਜੁੜੇ ਨੇ ਮੇਜਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਇਹਨਾਂ ਦੀਆਂ ਜਿਹੜੀਆਂ ਗਲਤ ਪਾਲਿਸੀਆਂ ਦਾ ਸਜ਼ਾ ਤੇ ਇਹਨਾਂ ਨੂੰ ਮਿਲਣੀ ਡੈਮੋਕ੍ਰੇਟਾਂ ਨੂੰ ਕਿ ਇਹਨਾਂ ਕੀਤਾ। ਤੁਸੀਂ ਕਿਹੜੇ ਸਟੇਟ ਤੋਂ ਬੋਲ ਰਹੇ ਆ ਮੇਜਰ ਸਿੰਘ ਜੀ? ਮੈਂ ਜੀ ਵਾਸ਼ਿੰਗਟਨ ਤੋਂ ਜੀ। ਠੀਕ ਹੈ ਜੀ, ਓਕੇ ਜੀ। ਕਿਉਂਕਿ ਜਿਸ ਤਰ੍ਹਾਂ ਮਹਿੰਗਾਈ ਹੋਈ, ਗੈਸ ਦੀ ਪ੍ਰਾਈਸਿਸ ਹੋਈ, ਫਿਰ ਇਮੀਗ੍ਰੇਸ਼ਨ ਦਾ ਮਸਲਾ, ਇਹਨਾਂ ਕੁਛ ਨਹੀਂ ਕੀਤਾ। ਇਸ ਕਰਕੇ ਇਹਨਾਂ ਨੂੰ ਮੈਨੂੰ ਮਿਲ ਰਿਹਾ ਕਿ ਹੁਣ ਇਹਨਾਂ ਨੂੰ ਇਹ ਜਾਂਦੇ ਲੱਗਦੇ ਮੈਨੂੰ। ਠੀਕ ਹੈ ਜੀ, ਧੰਨਵਾਦ। ਥੈਂਕ ਯੂ ਮੇਜਰ ਜੀ। ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ, ਹਰਵਿੰਦਰ ਜੀ, ਇਹ ਗੱਲ ਪੱਕੀ ਆ, ਜਦੋਂ ਜੇਬ ਦੇ ਵਿੱਚ ਠਨ ਗੋਪਾਲ ਕਹਿੰਦੇ ਹੋ ਰਿਹਾ ਹੋਵੇ, ਖਾਲੀ ਹੋਈ ਹੋਵੇ, ਤਾਂ ਫਿਰ ਸਾਰਿਆਂ ਨੂੰ ਸਭ ਕੁਝ ਜਿਹੜਾ ਉਹ ਕੱਲੀ ਜਿਹੜੀ ਪਾਲਿਸੀ ਆ ਉਹ ਦੇਖਣ ਦੀ ਤੇ ਉਸ ਦੇ ਉੱਤੇ ਜਿਹੜਾ ਨਾਲ ਦੇ ਨਾਲ ਉਹ ਵਿਚਾਰਨ ਦੀ ਜਿਹੜੀ ਉਹ ਮੌਕਾ ਮਿਲਦਾ। ਜਦੋਂ ਜੇਬਾਂ ਭਰੀਆਂ ਹੁੰਦੀਆਂ ਤੇ ਅੱਧੇ ਬੰਦੇ ਤਾਂ ਵੋਟ ਵੀ ਨਹੀਂ ਪਾਉਂਦੇ, ਉਦੋਂ ਫਿਰ ਧਿਆਨ ਨਹੀਂ ਹੁੰਦਾ ਵੀ ਜੇਬਾਂ ਜਦੋਂ ਭਰੀਆਂ ਆ। ਪਰ ਇਸ ਵਾਰ ਇਕਨੋਮੀ ਨੂੰ ਲੈ ਕੇ ਕਾਫੀ ਜਿਹੜੀ ਆ ਉਹ ਚੱਲੀ। ਬਾਇਡਨੋਮਿਕਸ ਬਹੁਤ ਇਹਨਾਂ ਨੇ ਪ੍ਰਚਾਰੀ। ਕਮਲਾ ਹੈਰਿਸ ਹੋਣਾ ਨੇ ਵੀ ਬਹੁਤ ਆਪਣਾ ਜਿਹੜਾ ਇਕਨੋਮਿਕ ਏਜੰਡਾ ਜਿਹੜਾ ਉਹ ਲਿਆਂਦਾ। ਆਮ ਲੋਕਾਂ ਦੇ ਨਾਲ ਵੀ ਜਦੋਂ ਇੱਥੇ ਆਪਾਂ ਗੱਲ ਕਰਦੇ ਸੀ, ਉਹ ਕਹਿੰਦੇ ਵੀ ਕੀ 4 ਸਾਲ ਲੋਕ ਦੁਬਾਰਾ ਉਹੀ ਚੀਜ਼ ਦੇਖਣਾ ਚਾਹੁੰਦੇ ਆ? ਇਹ ਜਿਹੜੇ ਟਰੰਪ ਦੇ ਹੱਕ ਵਾਲੇ ਆ ਉਸ ਤਰੀਕੇ ਨਾਲ ਕਹਿੰਦੇ ਸੀ। ਜਿਹੜੇ ਕਮਲਾ ਹੈਰਿਸ ਦੇ ਹੱਕ ਵਾਲੇ ਉਹ ਕਹਿੰਦੇ ਯਾਰ ਟਰੰਪ ਬੰਦਾ ਨਹੀਂ ਚੰਗਾ, ਉਹਦਾ ਕਰੈਕਟਰ ਇਦਾਂ ਦਾ, ਉਹਦੀਆਂ ਗੱਲਾਂ ਇਦਾਂ ਦੀਆਂ, ਉਹ ਦੋ ਫਾੜਤਾ ਜਿਹੜੀ ਲਿਆਉਂਦਾ ਆ। ਹਰ ਇੱਕ ਨੂੰ ਆਪੋ ਆਪਣੀ ਜਿਹੜੀ ਆ ਉਹ ਵੱਖਰੀ ਪਾਲਿਸੀ ਦੇ ਆਧਾਰ ਦੇ ਨਾਲ ਲੋਕਾਂ ਨੇ ਜਿਹੜੀਆਂ ਉਹ ਵੋਟਾਂ ਪਾ ਰਹੇ ਆ, ਉਸ ਦੇ ਨਾਲ ਜਿਹੜਾ ਉਹ ਦੇਖ ਰਹੇ ਆ। ਸੋ ਹੁਣ ਇਹ ਇਸ ਟਾਈਮ ਪਤਾ ਲੱਗੇਗਾ ਕੁਛ ਜਿਹੜੇ ਆ ਘੰਟਿਆਂ ਦੇ ਵਿੱਚ ਇਵੈਂਚੁਅਲੀ ਕਿਸ ਪਾਸੇ ਵੱਲ ਨੂੰ ਬਾਜੀ ਜਿਹੜੀ ਆ ਉਹ ਪਲਟਦੀ ਹੈਗੀ ਆ। ਜੀ ਜੀ, ਨਾਲ ਦੀ ਨਾਲ ਇਹ ਦੱਸਦੇ ਚਾਹੀਏ ਕਿ ਕਮਲਾ ਹੈਰਿਸ ਨੇ ਡਿਸਟ੍ਰਿਕਟ ਆਫ ਕੋਲੰਬੀਆ ਜਿਹੜੀ ਕੈਪੀਟਲ ਹੈਗੀ ਆ ਉਹਨੂੰ ਜਿੱਤ ਲਿਆ। ਭਾਵੇਂ ਕਿ ਡੈਮੋਕ੍ਰੇਟ ਹੋਲਡ ਹੀ ਇਹ ਸਭ ਤੋਂ ਤਗੜਾ। ਪ੍ਰੈਜ਼ੀਡੈਂਟ ਟਰੰਪ ਵੱਖ-ਵੱਖ ਸਟੇਟਾਂ ਨੂੰ, ਕੈਲੀਫੋਰਨੀਆ ਨੂੰ ਬਹੁਤ ਟਾਰਗੇਟ ਕਰਦੇ ਆ, ਆਰਗਨ ਨੂੰ, ਵਾਸ਼ਿੰਗਟਨ ਦੀ ਹੁਣੇ ਆਪਣੇ ਕਾਲਰ ਗੱਲ ਕਹਿ ਕੇ ਗਏ। ਇਸੇ ਤਰ੍ਹਾਂ ਡਿਸਟ੍ਰਿਕਟ ਆਫ ਕੋਲੰਬੀਆ ਦੀ ਵੀ ਇਹੀ ਗੱਲ ਕਰਦੇ ਆ ਕਿ ਇਹ ਜਿਹੜਾ ਇੱਕ ਕ੍ਰਾਈਮ ਰੇਟ ਏਰੀਆ ਵਾ ਤੇ ਰਿਪਬਲਿਕਨ ਬਾਰ-ਬਾਰ ਇਹਨੂੰ ਥ੍ਰੈਟਨ ਕਰਦੇ ਸੀ ਤੇ ਡਿਸਟ੍ਰਿਕਟ ਆਫ ਕੋਲੰਬੀਆ ਦਾ ਜਿਹੜਾ ਸਟੇਟਸ ਸੀ ਸਟ੍ਰਿਪ ਕਰ ਦੇਣਾ ਉਹਨੂੰ, ਜਿਹੜੀ ਉਹਨੂੰ ਲਿਮਿਟਡ ਆਟੋਨਮੀ ਮਿਲੀ ਹੋਈ ਆ। ਪਰ ਜੋ ਵੀ ਆ ਐਟ ਦਿਸ ਪੁਆਇੰਟ ਇਨ ਟਾਈਮ ਆਪਾਂ ਗੱਲ ਕਰੀ ਤੇ ਕਮਲਾ ਹੈਰਿਸ ਡਿਸਟ੍ਰਿਕਟ ਜੀ। ਆਪਣੇ ਨਾਲ ਓਮਕਾਰ ਸਿੰਘ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਓਮਕਾਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਖਾਲਸਾ ਜੀ, ਰਮਨਵੀਰ ਤੇ ਭਾਜੀ ਹਰਿੰਦਰ, ਤਿੰਨਾਂ ਨੂੰ ਬਹੁਤ ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਖਾਲਸਾ। ਤੇ ਬਹੁਤ ਭਾਜੀ, ਮੈਂ 4 ਵਜੇ ਤਕਰੀਬਨ ਘਰ ਆਇਆ ਸੀ ਤੇ ਮੈਂ CNN ਲਾ ਕੇ ਦੇਖਦਾ ਰਿਹਾ, ਤਾਂ ਮੁੜ ਕੇ 2-3 ਵਾਰੀ ਚੈੱਕ ਕੀਤਾ ਵੀ ਆਪਣਾ ਪ੍ਰੋਗਰਾਮ ਕਦੋਂ ਚੱਲਣਾ ਜੀ। ਤੇ ਸੋਨੀ ਸੀ ਜਦੋਂ ਚੱਲਿਆ ਤੇ ਫਿਰ ਮੈਂ ਨਿਆਣਿਆਂ ਨੂੰ ਕਿਹਾ ਵੀ ਤੁਸੀਂ ਹੁਣ ਚੁੱਪ ਕਰ ਪੁੱਤ, ਤੁਸੀਂ ਦੇਖ ਲਓ ਟੀਵੀ, ਆਪਣਾ ਹੁਣ ਸਾਡਾ ਪ੍ਰੋਗਰਾਮ ਚੱਲ ਪਿਆ। ਠੀਕ ਹੈ ਜੀ। ਬਹੁਤ ਵਧੀਆ ਲੱਗਦਾ ਜੀ ਭਾਜੀ। ਇਹ ਮਤਲਬ ਬਹੁਤ ਤੁਸੀਂ ਮੁਬਾਰਕਬਾਦ ਤੁਹਾਨੂੰ ਜੀ ਵੀ ਤੁਸੀਂ ਇੰਨਾ ਪ੍ਰੋਗਰਾਮ ਸਾਨੂੰ ਅੱਜ ਸਾਨੂੰ ਏਦਾਂ ਵੀ ਇਲੈਕਸ਼ਨ ਦਾ ਕੱਲੀ ਚੀਜ਼ ਪਤਾ ਲੱਗ ਰਹੀ ਆ। ਤੇ ਜਿਸ ਹਿਸਾਬ ਨਾਲ ਮੈਂ ਭਾਜੀ ਕਹਿਣਾ ਚਾਹੁੰਦਾ ਵੀ ਜਿਸ ਹਿਸਾਬ ਨਾਲ ਬਾਈਡਨ ਨੇ ਇਲੈਕਸ਼ਨ ਛੱਡੀ ਸੀਗੀ, ਕਮਲਾ ਹੈਰਿਸ ਬਹੁਤ ਜ਼ਿਆਦਾ ਟੱਕਰ ਦੇ ਰਹੀ ਆ। ਮਤਲਬ ਵਿੱਚ ਵਿਚਾਲੇ ਉਹਨੇ ਛੱਡ ਦਿੱਤੀ ਸੀ, ਤਾਂ ਮੁੜ ਕੇ ਜਿੱਦਾਂ ਇਹਨੂੰ ਨੋਮੀਨੇਟ ਕੀਤਾ ਇਹਨਾਂ ਨੇ ਡੈਮੋਕ੍ਰੇਟ ਨੇ, ਤਾਂ ਬਹੁਤ ਜ਼ਿਆਦਾ ਵੈਸੇ ਟੱਕਰ ਦੇ ਰਹੀ ਆ। ਪਿਛਲੀ ਵਾਰ ਵੀ ਮੈਂ 12-12:30 ਵਜੇ ਤੱਕ ਤੁਹਾਡਾ ਪ੍ਰੋਗਰਾਮ ਸੁਣਦਾ ਰਿਹਾ ਤੇ ਆਪਾਂ ਜਿਤਾ ਕੇ ਸੁੱਤੇ ਸੀ ਟਰੰਪ ਨੂੰ, ਤੇ ਮੁੜ ਕੇ ਉਹ ਦੂਜੇ ਦਿਨ ਹੀ ਪਤਾ ਲੱਗਾ ਕਿ ਪਤਾ ਨਹੀਂ ਕੀ ਚੱਕਰ ਚੱਲ ਗਿਆ ਹੈ ਨਾ। ਤੇ ਸਟਿਲ ਕਾਫੀ ਹਜੇ ਟੱਕਰ ਮੁਕਾਬਲਾ ਫਸਵਾ ਆ, ਤੇ ਦੇਖੋ ਕੀ ਬਣਦਾ। ਤੇ ਬਹੁਤ ਵਧੀਆ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ, ਸਾਡਾ ਆਪਣਾ ਰੇਡੀਓ ਹੈ ਜੀ, ਤੇ ਮਤਲਬ ਵਰਲਡ ਦੇ ਵਿੱਚ ਹੀ ਜਿਹੜਾ ਆਪਾਂ ਨੂੰ ਉਤਸ਼ਾਹਿਤ ਕਰਦਾ, ਨਗਰ ਕੀਰਤਨ ਹੋਵੇ, ਚਾਹੇ ਕੋਈ ਵੀ ਪ੍ਰੋਗਰਾਮ ਹੋਵੇ, ਚਾਹੇ ਸਿੱਖ ਮੁੱਦਿਆਂ ਦੀ ਗੱਲ ਹੋਵੇ, ਤੁਸੀਂ ਜੀ ਬਹੁਤ ਵੱਧ ਚੜ ਕੇ ਸਾਨੂੰ ਹਿੱਸਾ ਸਾਡੇ ਨਾਲ ਮਤਲਬ ਸਾਡਾ ਸਾਥ ਦਿੰਦੇ ਹੋ ਜੀ, ਤੇ ਬਹੁਤ ਵਧਾਈ ਦੇ ਪਾਤਰ ਹੋ ਜੀ ਤੁਸੀਂ। ਮਿਹਰਬਾਨੀ, ਸ਼ੁਕਰੀਆ, ਥੈਂਕ ਯੂ ਜੀ। ਜੀ, ਆਪਣੇ ਅਗਲੇ ਕਾਲਰ ਨੇ ਜੀ ਸੁਖ ਨੰਦਨ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਭ ਨੂੰ। ਮੈਂ ਇਕੱਲੇ ਨਾਂ ਨਹੀਂ ਲੈਣਾ ਚਾਹੁੰਦਾ ਕਿ ਟਾਈਮ ਬੜਾ ਕੀਮਤੀ ਹੈ। ਤੇ ਮੈਂ ਤੁਹਾਨੂੰ ਇੱਕ ਨਵੀਂ ਗੱਲ ਦੱਸਣਾ ਚਾਹੁੰਦਾ। ਮੇਰਾ ਪੋਤਾ 7 ਸਾਲ ਦਾ ਆ, ਕਰਨ ਸਿੰਘ ਜੰਡਾ ਜੀ। ਉਹ ਕਹਿੰਦਾ ਸੀ ਆਪਣੇ 7 ਸਾਲ ਦਾ, ਅੱਜ ਤੋਂ ਸਾਲ ਪਹਿਲਾਂ ਹੀ ਕਹਿੰਦਾ ਵੋਟ ਟਰੰਪ ਨੂੰ ਪਾਉਣੀ ਆ। ਜਦੋਂ ਕਹਿੰਦਾ ਜਾਈਦਾ, ਮੇਰਾ ਡੈਡੀ ਕਹਿੰਦਾ ਤੇਲ ਪਾਉਣ ਲੱਗਦਾ ਕਾਰ ਦੇ ਵਿੱਚ ਤੇ ਸਾਰੇ ਪੈਸੇ ਮੁੱਕ ਜਾਂਦੇ ਆ। ਅੱਗੇ ਟਰੰਪ ਦੇ ਵੇਲੇ ਥੋੜੇ ਜਿਹੇ ਪੈਸਿਆਂ ਨਾਲ ਟੈਂਕੀ ਭਰ ਜਾਂਦੀ ਹੁੰਦੀ ਸੀ ਕਹਿੰਦਾ। ਇਹ ਤੋਂ ਮੈਨੂੰ ਹਰਵਿੰਦਰ, ਉਹ ਇੱਕ ਨਾ ਉੱਥੇ ਇੰਡੀਆ 'ਚ ਐਡ ਚੱਲਦੀ ਹੁੰਦੀ ਸੀ ਵੀ ਸਾਡੀ ਗੱਡੀ ਰੁਕਦੀ ਹੋਈ ਨਹੀਂ, ਤੇਲ ਖਤਮ ਹੀ ਨਹੀਂ ਹੁੰਦਾ। ਤੇ ਉਹ ਪਹਿਲੋਂ ਸੀਗਾ, ਪਰ ਹੁਣ ਤੇਲ ਭਰਿਆ ਹੀ ਨਹੀਂ ਜਾਂਦਾ। ਹੁਣ ਤਾਂ ਉਹ ਗੱਲ ਹੋਈ ਪਈ ਆ।
ਤੇ ਉਹ ਵੀ ਇੱਕ ਹੋਰ ਵੀ ਇੱਕ ਦੋ ਗੱਲਾਂ ਕਰਦਾ। ਸਾਰੇ ਜਿੰਨੇ ਲੋਕਾਂ ਨੂੰ ਅਸੀਂ ਸੁਣਦੇ ਹਾਂ ਨਾ ਜੀ, ਇੱਥੇ ਪੰਜਾਬੀਆਂ ਨਾਲ ਗੱਲਾਂ ਬਾਤਾਂ ਹੁੰਦੀਆਂ, ਸਾਰੇ ਟਰੰਪ ਨੂੰ ਵੋਟ ਪਾਉਣੀ ਚਾਹੁੰਦੇ ਆ। ਇੱਥੇ ਕਿਹਾ ਸੀ ਤੇ ਕੈਲੀਫੋਰਨੀਆ 'ਚ ਮੈਂ ਸ਼ਾਇਦ ਟਰੰਪ ਨਾ ਜਿੱਤੂਗਾ, ਕਮਲਾ ਹੈਰਿਸ ਜਿੱਤੂ। ਮੈਨੂੰ ਤਾਂ ਪੱਕੀ ਉਮੀਦ ਹੈ ਵੀ ਕੈਲੀਫੋਰਨੀਆ ਦੇ ਵਿੱਚ ਵੀ ਟਰੰਪ ਨੇ ਜਿੱਤਣਾ ਜੀ। ਚਲੋ ਥੈਂਕ ਯੂ ਮਹਿੰਗਾਈ ਬਹੁਤ। ਇੱਕ ਹੋਰ ਗੱਲ, ਸਟੋਰ ਦੇ ਵਿੱਚ ਜਾਂਦਾ ਖਾਣ ਪੀਣ ਜਿੱਦਾਂ ਉਹਨੂੰ ਕੋਈ ਲੈਣੀ ਵਾਲੀ ਚੀਜ਼ ਹੁੰਦੀ ਨਾ, ਤਾਂ ਉਸ ਵੇਲੇ ਕਹਿੰਦੇ ਆ ਜੋੜੇ ਆ ਤਾਂ ਦੂਜਾ ਕਹਿੰਦਾ ਆਹ ਚੀਜ਼ ਦਾ ਨਹੀਂ, ਉਹ ਚੁੱਪ ਕਰ, ਪੈਸੇ ਬਹੁਤ ਲੈਂਦੇ ਆ ਉਹ ਕੰਜਰ। ਨਹੀਂ ਗਾਲਾਂ ਨਾ ਕੱਢੋ ਜੀ। ਜੀ ਮਿਹਰਬਾਨੀ ਜੀ, ਥੈਂਕ ਯੂ। ਨਹੀਂ ਉਹ ਨਹੀਂ ਚਲੋ, ਹਾਂਜੀ ਚਲੋ ਠੀਕ ਹੈ। ਬੱਚਾ ਕਹਿੰਦਾ, ਮੈਂ ਬੱਚੇ ਦੀ ਗੱਲ ਦੱਸਦਾ, ਮੈਂ ਆਪ ਨਹੀਂ ਕਿਸੇ ਨੂੰ ਕੁਝ ਕੀਤਾ। ਹਾਂ ਜੀ ਚਲੋ ਠੀਕ ਹੈ ਜੀ। ਓਕੇ, ਥੈਂਕ ਯੂ ਜੀ, ਮਿਹਰਬਾਨੀ। ਬਹੁਤ ਥੈਂਕ ਯੂ, ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਡਾ, ਜਿਹੜਾ ਬਹੁਤ ਸੋਹਣਾ ਪ੍ਰੋਗਰਾਮ ਦੱਸਦੇ ਆ, ਬੜਾ ਆਨੰਦ ਆਉਂਦਾ ਸੁਣ ਕੇ। ਥੈਂਕ ਯੂ ਜੀ, ਸ਼ੁਕਰੀਆ ਜੀ। ਸਤਿ ਸ਼੍ਰੀ ਖਾਲਸਾ ਫਤਿਹ ਜੀ। ਕੁਲਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕੰਟਕੀ ਤੋਂ ਬੋਲ ਰਿਹਾ ਜੀ ਜੀ। ਤੇ ਸੁਣ ਰਿਹਾ ਤੁਹਾਡਾ ਪ੍ਰੋਗਰਾਮ ਜੀ। ਤੇ ਕੰਟਕੀ ਸਭ ਤੋਂ ਪਹਿਲਾਂ ਦੂਜੇ ਨੰਬਰ ਤੇ ਟਰੰਪ ਉਹਨਾਂ ਨੂੰ ਕਰਤੀ ਸੀ ਐਲਾਨ, ਉਹਨਾਂ ਨੇ 8 ਸੀਟਾਂ ਦੇਤੀਆਂ ਤੁਸੀਂ ਉਹਨਾਂ ਨੂੰ। ਜੀ ਜੀ ਬਿਲਕੁਲ, ਪੱਕਾ ਹੀ ਸੀਗਾ ਜੀ। ਇੱਥੇ ਤਾਂ ਮੈਨੂੰ ਲੱਗਦਾ ਸੀਗਾ ਵੀ ਇੱਥੇ ਹਮੇਸ਼ਾ ਹੀ ਏਦਾਂ ਹੀ ਹੁੰਦਾ, ਪਰ ਚਲੋ ਇਸ ਵਾਰੀ ਏਦਾਂ ਹੀ ਸੀਗਾ। ਪਰ ਉਦਾਂ ਮੈਂ ਇਸ ਵਾਰੀ ਇੱਕ ਚੀਜ਼ ਨੋਟ ਕੀਤੀ, ਹਾਂਜੀ ਬਹੁਤ ਸਾਲ ਹੋ ਗਏ ਵੋਟ ਪਾਉਂਦਿਆਂ ਨੂੰ, ਤੇ ਪਰ ਬੜਾ ਰਸ਼ ਸੀਗਾ। ਜਿੱਦਾਂ ਮੈਂ ਲੱਗਦਾ ਸੀ ਕਿ ਲੋਕੀ ਇਸ ਵਾਰੀ ਪਤਾ ਨਹੀਂ ਇੰਨੇ ਵਿਹਲੇ ਆ ਜਾਂ ਮਤਲਬ ਕੀ ਚੱਕਰ ਕੀ ਆ। ਇਸ ਵਾਰ ਜਾਗਰੂਕ ਕਹੋ, ਵਿਹਲੇ ਨਹੀਂ ਕਹਿਣਾ, ਪਰ ਜਾਗਰੂਕ ਕਹਿਣਾ ਜੀ। ਹਾਂਜੀ ਨਹੀਂ, ਪਰ ਹਾਂਜੀ ਚਲੋ, ਹਾਂਜੀ ਸ਼ਾਇਦ ਮੈਂ ਗਲਤ ਹਾਂ, ਪਰ ਅੱਗੇ ਜਿੱਦਾਂ ਅਸੀਂ ਜਾਂਦੇ ਹਾਂ ਤੇ ਜਾ ਕੇ ਵੋਟ ਪਾ ਕੇ ਮੁੜਿਆ ਹੀ, ਤਾਂ ਇਸ ਵਾਰੀ ਤਾਂ ਏਦਾਂ ਸੀਗਾ ਵੀ ਕਾਫੀ ਚਿਰ ਵੇਟ ਕਰਨੀ ਪਈ। ਠੀਕ ਹੈ ਜੀ। ਬਾਕੀ ਤੁਹਾਡੇ ਅਰਲੀ ਵੋਟਿੰਗ ਹੁੰਦੀ ਆ ਜਾਂ ਤੁਹਾਡੇ ਸਿਰਫ ਸੇਮ ਡੇ ਹੀ ਹੁੰਦਾ ਹੈ? ਨਹੀਂ ਅਰਲੀ ਵੀ ਹੁੰਦੀ ਹੈ ਜੀ, ਅਰਲੀ ਵੀ ਹੁੰਦੀ ਹੈ। ਠੀਕ ਹੈ ਜੀ। ਜੀ ਜੀ ਅਰਲੀ ਵੀ ਹੁੰਦੀ ਆ, ਪਰ ਏਦਾਂ ਬਹੁਤ ਲੋਕੀ, ਮੈਨੂੰ ਏਦਾਂ ਲੱਗਦਾ ਸੀ ਨਾ ਵੀ ਕਈ ਵਾਰੀ ਕਿ ਜਿੱਦਾਂ ਵੀ ਲੋਕੀ ਅਰਲੀ ਪਾ ਦਿੰਦੇ ਆ, ਜਾਂ ਜਦੋਂ ਅੱਗੇ ਜਾਈਦਾ ਏਦਾਂ ਹਮੇਸ਼ਾ ਏਦਾਂ ਨਿਰਾਸ਼ ਕਦੇ ਦੇਖਿਆ ਨਹੀਂ। ਠੀਕ ਹੈ ਜੀ। ਪਰ ਵਧੀਆ ਜੀ। ਹਾਂ, ਤੁਹਾਡਾ ਪ੍ਰੋਗਰਾਮ ਸੁਣਦੇ ਰਹੀ ਤਾਂ ਹਮੇਸ਼ਾ। ਧੰਨਵਾਦ ਜੀ। ਹਾਂਜੀ ਬਹੁਤ ਵਧੀਆ ਲੱਗਦਾ, ਧੰਨਵਾਦ ਜੀ, ਥੈਂਕ ਯੂ। ਇੱਕ ਜਣੇ ਲਿਖਦੇ ਆ, ਕਹਿੰਦੇ ਵੀ ਪੰਜਾਬ 'ਚ ਹੋ ਰਹੀ ਜਿਮਨੀ ਚੋਣ ਵੀ ਟਰੰਪ ਜਿੱਤ ਗਿਆ, ਸੋ ਉਹਦਾ ਤੇ ਹੁਣ ਪਤਾ ਨਹੀਂ ਕੀ ਬਣਨਾ ਆ ਉੱਥੇ। ਤੇ ਪਰ ਇਹ ਆ ਵੀ ਮਾਹੌਲ ਜਿਹਾ ਜਿਹੜਾ ਇਸ ਤਰੀਕੇ ਦਾ ਜਿਹੜਾ ਉਹ ਬਣ ਰਿਹਾ, ਇਹ ਚੀਜ਼ ਜਿਹੜੀ ਉਹ ਆਪਾਂ ਜ਼ਰੂਰ ਦੱਸਦੇ ਜਾਈਏ। ਈਸਟ ਕੋਸਟ, ਫਿਰ ਜਿਹੜਾ ਮਿਡਲ ਪਾਰਟ, ਤੇ ਫਿਰ ਵੈਸਟ ਕੋਸਟ, ਇਹ ਤਿੰਨ ਜਿਹੜੀਆਂ ਕਹਿ ਸਕਦੇ ਆ ਵੀ ਤਿੰਨ ਵੱਖੋ ਵੱਖਰੇ ਅਮਰੀਕਾ ਆਪਾਂ ਨੂੰ ਜਿਹੜੇ ਉੱਥੇ ਦੇਖਣ ਨੂੰ ਮਿਲਦੇ ਆ। ਸੋ ਇਹ ਜਿਹੜੀਆਂ ਬਲੂ ਵਾਲਸ, ਰੈੱਡ ਵਾਲਸ, ਬਲੂ ਵਾਲ ਜਿਹੜੀ ਉਹ ਦੇਖਣ ਨੂੰ ਮਿਲਦੀ ਆ। ਈਸਟ ਕੋਸਟ ਦੇ ਵਿੱਚ ਜਿਹੜੀ ਨਾਰਥ ਈਸਟ ਆ, ਉਹਦੇ ਵਿੱਚ ਮੋਸਟਲੀ ਜਿਹੜੇ ਡੈਮੋਕ੍ਰੇਟਸ ਆ ਉਹ ਜਿੱਤਦੇ ਆ। ਫਿਰ ਜਦੋਂ ਤੁਸੀਂ ਸਨ ਬੈਲਟ ਦੇ ਵਿੱਚ ਆਉਂਦੇ ਆ, ਗ੍ਰੇਟ ਪਲੇਨਸ ਦੇ ਵਿੱਚ ਆਉਂਦੇ ਆ, ਤਾਂ ਉੱਥੇ ਜਿਹੜਾ ਉਹ ਰਿਪਬਲਿਕਨਸ ਜਿਹੜੇ ਉਹ ਜਿੱਤਦੇ ਆ। ਫਿਰ ਜਦੋਂ ਜਿੱਦਾਂ ਹੀ ਤੁਸੀਂ ਵੈਸਟ ਕੋਸਟ ਵੱਲ ਨੂੰ ਵੱਧਦੇ ਆ, ਤਾਂ ਉੱਥੇ ਫਿਰ ਜਿਹੜੇ ਆ ਉਹ ਡੈਮੋਕ੍ਰੇਟਸ ਜਿਹੜੇ ਜਿੱਤ ਜਾਂਦੇ ਆ। ਵਿਚਾਲੇ ਵਾਲੀਆਂ ਸਟੇਟਸ ਦੇ ਵਿੱਚ ਪਾਪੂਲੇਸ਼ਨ ਘੱਟ ਹੋਣ ਕਰਕੇ ਉਹਨਾਂ ਦੇ ਜਿਹੜੇ ਨੰਬਰਸ ਆ ਇਲੈਕਟਰਲ ਕਾਲਜ ਦੇ, ਉਹ ਘੱਟ ਹੁੰਦੇ ਆ। ਹਾਂ, ਮਿਲ ਕੇ ਜਿਹੜੇ ਉਹ ਜ਼ਰੂਰ ਆਬਵੀਅਸਲੀ ਵੱਡਾ ਨੰਬਰ ਬਣ ਜਾਂਦਾ ਆ। ਪਰ ਜਿੱਦਾਂ ਹੁਣ ਕੈਲੀਫੋਰਨੀਆ, ਓਰੀਗਨ, ਵਾਸ਼ਿੰਗਟਨ ਦੀ ਗੱਲ ਕਰਦੇ ਆ, ਤਾਂ 74 ਵੋਟਾਂ ਜਿਹੜੀਆਂ ਸਿੱਧੀਆਂ ਹੀ ਜਿਹੜੀਆਂ ਉਸ ਦੇ ਵਿੱਚ ਐਡ ਹੋ ਜਾਣੀਆਂ। ਨਵਾਡਾ ਦੇ ਬਾਰੇ ਇੱਕ ਬੜੀ ਦਿਲਚਸਪ ਗੱਲ ਆ, ਪਿਛਲੇ 20 ਸਾਲਾਂ ਦੇ ਵਿੱਚ ਉੱਥੇ ਪਾਪੂਲੇਸ਼ਨ ਡਬਲ ਹੋ ਕੇ ਉੱਥੋਂ ਦੀਆਂ ਜਿਹੜੀਆਂ ਵੋਟਾਂ ਆ ਉਹ 3 ਤੋਂ ਵੱਧ ਕੇ 6 ਹੋ ਚੁੱਕੀਆਂ ਆ। ਕੈਲੀਫੋਰਨੀਆ ਨੇ 2020 ਦੇ ਸੈਂਸਸ ਤੋਂ ਬਾਅਦ ਦੇ ਵਿੱਚ 2 ਸੀਟਾਂ ਜਿਹੜੀਆਂ ਉਹ ਲੂਜ਼ ਕੀਤੀਆਂ ਸੀ। ਕਿਸੇ ਟਾਈਮ ਦੇ ਉੱਤੇ ਇੱਥੇ ਜ਼ਿਆਦਾ ਇਲੈਕਟਰਲ ਕਾਲਜ ਦੀਆਂ ਵੋਟਸ ਹੁੰਦੀਆਂ ਸੀ। ਟੈਕਸਸ ਨੇ ਗੇਨ ਕੀਤੀ ਸੀ, ਫਲੋਰੀਡਾ ਨੇ ਵੀ ਜਿਹੜੀ ਆ ਇਸ ਮਾਮਲੇ ਦੇ ਵਿੱਚ ਪਾਪੂਲੇਸ਼ਨ ਉੱਥੇ ਸ਼ਿਫਟ ਹੋਣ ਕਰਕੇ ਉਹਨਾਂ ਨੇ ਉੱਥੇ ਗੇਨ ਕੀਤੀਆਂ ਸੀ। ਕੁੱਲ ਮਿਲਾ ਕੇ 530 ਆ, ਤੇ ਜਾਦੂਈ ਆંકੜਾ 270 ਦਾ ਆ। ਹਾਲ ਦੀ ਘੜੀ ਮੌਜੂਦਾ ਤੌਰ ਦੇ ਉੱਤੇ 195 ਟਰੰਪ ਤੇ 112 ਕਮਲਾ ਹੈਰਿਸ ਜਿਹੜੀ ਆ ਉਹ ਚੱਲ ਰਹੇ ਆ। ਜੀ ਹਰਜੋਤ ਜੀ। ਜੀ ਬਿਲਕੁਲ, ਕਮਲਾ ਹੈਰਿਸ ਕੋ 112 ਤੇ ਟਰੰਪ ਹੋਣਾ ਕੋ 198 ਇਲੈਕਟਰਲ ਵੋਟਸ ਹੁਣ ਤੱਕ ਪਹੁੰਚ ਚੁੱਕੇ ਆ। ਤੇ ਹਰਵਿੰਦਰ ਜੀ ਕਰੋ। ਹਾਂਜੀ ਸੌਰੀ, ਮਾਫੀ ਚਾਹੁੰਦਾ। ਆਪਾਂ ਮਿਸ਼ੀਗਨ ਦੀ ਵੀ ਥੋੜੀ ਗੱਲ ਕਰੀਏ ਇਹਦੇ ਵਿੱਚ। ਤੇ ਮਿਸ਼ੀਗਨ ਦੇ ਵਿੱਚ ਇੱਕ ਵੱਡੀ ਸਮੱਸਿਆ ਜਿਹੜੀ ਡੈਮੋਕ੍ਰੇਟ ਨੂੰ ਆਈ ਸੀ ਕਿ ਉੱਥੇ ਕਾਫੀ ਗਿਣਤੀ ਦੇ ਵਿੱਚ ਮੁਸਲਿਮ ਪਾਪੂਲੇਸ਼ਨ ਵੀ ਉਸ ਏਰੀਆ ਦੇ ਵਿੱਚ ਬਹੁਤ ਆ। ਸੋ ਉਹ ਕਮਲਾ ਹੈਰਿਸ ਜਾਂ ਡੈਮੋਕ੍ਰੈਟਿਕ ਪਾਰਟੀ ਤੋਂ ਬਹੁਤ ਹੀ ਖੁਸ਼ ਨਹੀਂ ਸੀ। ਤੇ ਜਿਹੜੇ ਉੱਥੋਂ ਦੇ ਜਿਹੜੇ ਐਨਾਲਿਸਟ ਖਾਸ ਤੌਰ ਤੇ ਜੀ ਜਿਹੜੇ ਐਨਾਲਿਸਟ ਉਹ ਕਹਿੰਦੇ ਸੀ ਕਿ ਇਸ ਵਾਰ ਡਬਲ ਡਿਪ ਹੋਣ ਦੇ ਚਾਂਸ ਆ। ਉਹਦਾ ਕਾਰਨ ਇਹ ਵੀ ਆ ਕਿ ਇੱਕ ਤਾਂ ਅਰਬ ਦੀ ਜਿਹੜੀ ਗੱਲ ਆਪਾਂ ਕੀਤੀ, ਦੂਸਰੀ ਗੱਲ ਇਹ ਹੈ ਕਿ ਜਦੋਂ ਅਕਤੂਬਰ 13 ਦਾ
ਅਟੈਕ ਹੁੰਦਾ ਤੇ ਉਹਦੇ ਕਰਕੇ ਜੂਇਸ਼ ਦੇ ਪਾਲਿਸੀ ਜਿਹੜੀ ਇਜ਼ਰਾਈਲ ਦੀ ਪਾਲਿਸੀਜ਼ ਨੂੰ ਵੀ ਕਾਫੀ ਠੀਕ 7 ਅਕਤੂਬਰ ਦਾ ਹਾਂਜੀ ਦੇ ਵਿੱਚ ਜਿਹੜਾ ਜੀ ਮਾਫ ਕਰਨਾ 7 ਅਕਤੂਬਰ ਦਾ ਅਟੈਕ ਸੋ ਉਹਦੇ ਕਰਕੇ ਵੀ ਇਹਦਾ ਕਾਫੀ ਜਿਹੜਾ ਅਸਰ ਆ ਉਹ ਸ਼ਾਇਦ ਆਪਾਂ ਨੂੰ ਦੇਖਣ ਨੂੰ ਮਿਲੇ ਪਰ ਸੋ ਫਾਰ ਉੱਥੇ ਡੈਮੋਕ੍ਰੇਟ ਪਾਰਟੀ ਦੇ ਕਮਲਾ ਹੈਰਿਸ ਅੱਗੇ ਚੱਲ ਰਹੇ ਆ ਪਰ ਟੱਕਰ ਜਿਹੜੀ ਬਹੁਤ ਫਸਵੀਂ ਆ ਜੀ। ਫੋਨ ਕਰਨ ਦੇ ਲਈ ਨੰਬਰ ਹੈ ਜੀ 408 272 5200 4082725200 408 272 5200 ਦੇ ਉੱਤੇ। ਆਪਣੇ ਅਗਲੇ ਕਾਲਰ ਨੇ ਸੁਰਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਆਪ ਜੀ ਤੇ ਪਰਮਾਤਮਾ ਦੀ ਬਹੁਤ ਬਖਸ਼ਿਸ਼ ਆ ਜਿਹੜੇ ਕਿ ਨਾ ਹਰ ਵੇਲੇ ਸਮੇਂ ਅਨੁਸਾਰ ਸਾਰੀ ਸਾਡੀ ਕਮਿਊਨਿਟੀ ਦੀ ਸੇਵਾ ਕਰਦੇ ਆ। ਕਮਿਊਨਿਟੀ ਦੀ ਨਹੀਂ ਸਾਰੀ ਦੁਨੀਆ ਦੀ ਕਹਿ ਲਓ ਹੁਣ ਤਾਂ ਤੁਸੀਂ। ਬਾਕੀ ਇਹ ਆਪਾਂ ਗੱਲਾਂ ਸਾਰੀਆਂ ਕਰ ਰਹੇ ਆ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਕਿ ਟਰੰਪ ਦੀ ਇੱਕ ਐਸੀ ਪਰਸਨੈਲਿਟੀ ਆ, ਐਸੀ ਵਿਲ ਪਾਵਰ ਆ ਕਿ ਉਹਨੂੰ ਹਰ ਤਰੀਕੇ ਦੇ ਨਾਲ ਇਸ ਦਿਨ ਦਾ ਹੀ ਉਸਨੇ ਨਾ ਸ਼ੁਰੂ ਕੀਤਾ ਆ। ਪਹਿਲੀ ਗੱਲ ਤਾਂ ਇਹ ਆ ਕਿ ਉਹ ਆਪਣੇ ਬਲ ਦੇ ਨਾਲ ਰਿਪਬਲਿਕਨਾਂ ਦੇ ਵਿੱਚ ਆਇਆ, ਕੋਈ ਉਹਨੂੰ ਲਿਆਉਂਦਾ ਨਹੀਂ ਸੀ। ਉਸ ਤੋਂ ਬਾਅਦ ਜਿੰਨਾ ਚਿਰ ਉਹਨਾਂ ਦਾ ਪਹਿਲਾ ਟੈਨਿਓਰ ਸੀਗਾ 4 ਸਾਲ ਦਾ, ਉਹਦੇ ਵਿੱਚ ਕਰੋਨਾ ਆਇਆ, ਹੋਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ, ਫੇਰ ਬਚ ਗਿਆ। ਮਗਰੋਂ ਫਿਰ ਜਦੋਂ ਬਾਈਡਨ ਆਇਆ ਆ, ਡੈਮੋਕ੍ਰੇਟਸ ਨੇ ਕੋਈ ਕਸਰ ਨਹੀਂ ਛੱਡੀ ਕਿ ਉਹਦੇ ਤੇ ਹਰ ਪਾਸਿਓਂ ਅਟੈਕ ਹੁੰਦੇ ਰਹੇ, ਪਰ ਸਦਕੇ ਇਸ ਬੰਦੇ ਦੇ ਕਿ ਜਿਹੜਾ ਫੇਰ ਵੀ ਨਾ ਇਹ ਆਪਣੇ ਨਾ ਮੰਜ਼ਿਲ ਨੂੰ ਛੱਡਿਆ ਨਹੀਂ ਉਹਨੇ। ਹੁਣ ਬੇਸ਼ੱਕ ਉਹ ਹਾਰ ਵੀ ਜਾਵੇ ਤੇ ਪਰ ਉਹ ਆਪਣਾ ਸੀਡ ਜਿਹੜਾ ਨਾ ਉਹ ਬੀਜ ਗਿਆ ਆ। ਇਸ ਕਰਕੇ ਨਾ ਬਹੁਤ ਖੁਸ਼ੀ ਹੁੰਦੀ ਆ ਕਿ ਬੰਦੇ ਦੀ ਬੋਲ, ਬੰਦੇ ਦੀ ਇੱਧਰਲੀ ਉੱਧਰਲੀ ਗੱਲਾਂ ਦੇਖੋ, ਇਹ ਤੋਲ ਕੇ ਦੇਖੋ ਕਿ ਇਹਦਾ ਹਿਰਦਾ ਕੀ ਕਹਿੰਦਾ ਆ ਤੇ ਕਰਦਾ ਕੀ ਆ। ਬਾਕੀ ਇੱਕ ਪ੍ਰੈਜ਼ੀਡੈਂਟ ਇੱਥੇ ਇਕੱਲਾ ਕੁਛ ਨਹੀਂ ਕਰ ਸਕਦਾ। ਤੁਹਾਨੂੰ ਤੁਸੀਂ ਸਾਰੇ ਸਿਆਣੇ ਪੜ੍ਹੇ ਲਿਖੇ ਹੈਗੇ ਆ, ਇੱਥੇ ਸੁਪਰੀਮ ਕੋਰਟ ਆ, ਕਾਂਗਰਸ ਆ ਤੇ ਜਸਟਿਸ, ਬਸ ਸਾਰਾ ਕੁਛ ਇੱਥੇ ਬਾਕੀ ਦਾ ਹੈਗਾ ਆ। ਪਰ ਬੜੀ ਧੰਨਵਾਦ ਜੀ। ਬ੍ਰੇਕਿੰਗ ਨਿਊਜ਼ ਆ ਰਹੀ ਹੈ, ਕਹਿੰਦੇ ਵੀ ਜਾਰਜੀਆ ਪ੍ਰੋਜੈਕਟ ਹੋ ਸਕਦਾ ਟਰੰਪ ਹੁਣੀ ਲੈ ਜਾਣ। ਜਾਰਜੀਆ ਸਟੇਟ ਕਹਿੰਦੇ ਵੀ ਪ੍ਰੋਜੈਕਟ ਟੂ ਵਿਨ ਟਰੰਪ ਪ੍ਰੋਜੈਕਟ ਟੂ ਵਿਨ ਜਾਰਜੀਆ ਜੀ। ਹੁਣ ਦੇਖਦੇ ਆ ਮੈਂ ਜੇ ਚੈੱਕ ਕਰੋ ਰਾਜਕਨਵੀਰ ਸਿੰਘ ਜੀ ਵੀ ਕਿੰਨਾ ਕੁ ਡਿਫਰੈਂਸ ਚੱਲ ਰਿਹਾ ਜਾਰਜੀਆ ਦੇ ਵਿੱਚ ਮੌਜੂਦਾ ਤੌਰ ਦੇ ਉੱਤੇ। ਜਿਵੇਂ ਦੱਸਦਾ ਜਾਵਾਂ ਤਾਂ ਫਰਕ ਇਹਨਾਂ ਦਾ 1.5 ਲੱਖ ਦਾ ਹੀ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਦੱਸ ਰਿਹਾ, ਜ਼ਿਆਦਾ ਨਹੀਂ ਹੈਗਾ। ਜ਼ਿਆਦਾ ਨਹੀਂ, ਪਰ 88% ਰਿਪੋਰਟਿੰਗ ਹੋ ਚੁੱਕੀ ਹੈ ਜੀ। ਬਿਲਕੁਲ 24,33,647 ਟਰੰਪ ਉਹਨਾਂ ਕੋਲ ਆ, 22,82,367 ਕਮਲਾ ਹੈਰਿਸ। ਸੋ ਜਾਰਜੀਆ ਬਹੁਤ ਡਿਸਾਈਡਿੰਗ ਸਟੇਟ ਹੈਗੀ ਕੀ ਰੇਸ ਆ। ਪਿਛਲੀ ਵਾਰੀ ਟਰੰਪ ਹੁਣੀ ਹਾਰ ਗਿਆ ਸੀ। ਈਵਨ ਹਰਜੋਤ ਸਿੰਘ ਜੀ ਹੁਣ ਦੱਸਦੇ ਜਾਈਏ, ਪੈਨਸਿਲਵੇਨੀਆ ਦੇ ਵਿੱਚ ਜਿੱਥੇ ਪਹਿਲਾਂ ਕਮਲਾ ਹੈਰਿਸ ਲੀਡ ਕਰ ਰਹੇ ਸੀ, ਉੱਥੇ ਪੈਨਸਿਲਵੇਨੀਆ ਦੇ ਵਿੱਚ ਹੁਣ ਡੋਨਲਡ ਟਰੰਪ ਦੁਬਾਰਾ ਜਿਹੜਾ ਉਹ ਲੀਡ ਦੇ ਵਿੱਚ ਆਏ ਨੇ। ਸੋ ਇਹ ਜਿਹੜਾ ਇਸ ਟਾਈਮ ਦੇਖਣ ਨੂੰ ਮਿਲ ਰਿਹਾ ਆ। ਉੱਥੇ ਤਕਰੀਬਨ 1 ਲੱਖ ਵੋਟ ਦੇ ਨਾਲ 1 ਲੱਖ ਵੋਟ ਦੇ ਨਾਲ ਐਰੀਜ਼ੋਨਾ ਦੇ ਵਿੱਚ ਵੀ ਰਾਜਕਨ ਮਾਫੀ ਚਾਹੁੰਦਾ, ਐਰੀਜ਼ੋਨਾ ਦੇ ਵਿੱਚ ਵੀ ਹੁਣ ਜਿਹੜੇ ਆ ਡੋਨਲਡ ਇੱਕ ਵਾਰੀ ਫੇਰ ਟਰੰਪ ਜਿਹੜਾ ਉਹ ਲੀਡ ਦੇ ਵਿੱਚ ਆਏ ਨੇ। ਆਪਣੇ ਅਗਲੇ ਕਾਲਰ ਜੁੜੇ ਨੇ ਜਗ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਜਗ ਸਿੰਘ ਜੀ ਕਿੱਥੋਂ ਬੋਲ ਰਹੇ ਆ ਜੀ? ਭਾਜੀ ਮੈਂ ਭਾਜੀ ਬੋਲ ਰਿਹਾ ਜੀ ਇਹ ਕੈਨੇਡਾ ਤੋਂ ਜੀ। ਠੀਕ ਹੈ ਜੀ। ਭਾਜੀ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਮੈਂ ਕਿਹਾ ਭਾਜੀ ਕੌਣ ਆ ਰਿਹਾ, ਤੁਹਾਨੂੰ ਕੀ ਲੱਗਦਾ ਐਤਕੀ? ਹੁਣ ਸੁਣੀ ਜਾਇਓ ਨਾ, ਹੁਣ ਆਪਾਂ ਕਿਹੜੇ ਤੇ ਪੰਡਤ ਆ ਕਿ ਨਹੀਂ। ਹਾਂਜੀ, ਤੇ ਥੋੜੇ ਚਿਰ ਚ ਮੈਨੂੰ ਲੱਗਦਾ ਸ਼ਾਇਦ ਡਿਸਾਈਡ ਹੋ ਜਾਏ ਅੱਜ। ਮੈਨੂੰ ਲੱਗਦਾ ਨਹੀਂ ਵੀ ਪਿਛਲੀ ਵਾਰ ਵਾਂਗ ਜ਼ਿਆਦਾ ਡਿਲੇ ਨਾ ਹੋਵੇ ਜੀ। ਬਿਲਕੁਲ ਸੁਣਦੇ ਰਹੋ, ਆਪਾਂ ਤੁਹਾਨੂੰ ਦੱਸਦੇ ਰਹਾਂਗੇ। ਠੀਕ ਹੈ ਜੀ। ਤੇ ਭਾਜੀ ਆਪਣੇ ਕੌਜ਼ ਲਈ ਕਿਹੜਾ ਬੰਦਾ ਚੰਗਾ ਜਿੱਦਾਂ ਸਿੱਖ ਕੌਜ਼ ਲਈ? ਦੇਖੋ ਵੱਖ-ਵੱਖ ਹੈਗੇ ਆ ਹਨਾ, ਬਹੁਤ ਇਸ਼ੂ ਆ ਹਰ ਇੱਕ ਇਸ਼ੂ ਤੇ। ਹੁਣ ਤੁਸੀਂ ਦੇਖ ਲਓ ਵੀ ਜੇ ਸਿੱਖਾਂ ਵਾਲਾ ਇਸ਼ੂ ਲਈਏ ਤੇ ਬਾਈਡਨ ਹੋਣਾ ਨੇ ਕਾਫੀ ਵਧੀਆ ਸਟੈਂਡ ਲਿਆ ਸੀ ਇੰਡੀਆ ਦੇ ਅਗੇਂਸਟ। ਜਦੋਂ ਟਰੰਪ ਹੁਣੀ ਆਉਗੇ, ਐਕਚੁਅਲੀ ਤਾਂ ਇਹਨਾਂ ਦੀ ਜਿਹੜੀ ਬੈਕ ਪਾਲਿਸੀ ਹੁੰਦੀ ਆ ਉਹ ਚੇਂਜ ਤਾਂ ਨਹੀਂ ਹੁੰਦੀ, ਬਟ ਯੂ ਨੈਵਰ ਨੋ। ਦੂਸਰੇ ਨੰਬਰ ਤੇ ਇਕੋਨਮੀ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ ਟਰੰਪ ਹੁਣੀ ਜਿਹੜੇ ਆ ਉਹ ਵਧੀਆ ਲੱਗਦੇ ਹੈਗੇ ਆ। ਸੋ ਹਰ ਇੱਕ ਦਾ ਆਪਣਾ ਆਪਣਾ ਵਿਚਾਰ ਹੈਗਾ ਵੀ ਕਿਹੜੇ ਪੁਆਇੰਟ ਤੇ। ਤੁਸੀਂ ਇਦਾਂ ਨਹੀਂ ਕਹਿ ਸਕਦੇ ਵੀ ਇੱਕ ਬੰਦਾ ਜਿਹੜੇ ਆ ਸਾਡੇ ਸਾਰੇ ਇਸ਼ੂਜ਼ ਲਈ ਉਹ
ਪਰ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਹ ਜ਼ਰੂਰ ਹੈ, ਇੱਥੇ ਆਪਾਂ ਨੂੰ ਇਹ ਕਹਿਣਾ ਪੈਣਾ ਵੀ ਫੋਰਨ ਪਾਲਿਸੀ ਨੂੰ ਲੈ ਕੇ ਟਰੰਪ ਹੋਣਾ ਦਾ ਜੋ ਰਵੱਈਆ ਆ ਉਹ ਟੋਟਲੀ ਡਿਫਰੈਂਟ ਆ ਬਾਈਡਨ ਹੋਣਾ ਦੇ ਨਾਲੋਂ। ਅਮਰੀਕਾ ਜਿੱਥੇ ਅਮਰੀਕਾ ਦੀ ਜੇ ਸਰਦਾਰੀ ਆ, ਝੰਡੀ ਆ, ਉੱਥੇ ਜਦੋਂ ਆਪਾਂ ਡਾਲਰਾਂ ਦੀ ਗੱਲ ਕਰਦੇ ਆ, ਉਹਦੇ ਵਿੱਚ ਉਹਦੇ ਕਰਕੇ ਹੀ ਜਿਹੜੇ ਡਾਲਰ ਦਿੰਦੇ ਆ ਦੂਜੇ ਮੁਲਕਾਂ ਨੂੰ, ਤਾਂ ਹੀ ਅਗਲੇ ਅਮਰੀਕਾ ਦਾ ਡੰਡਾ ਚੱਲਦਾ। ਜੇ ਨਾ ਕੁਝ ਦੇਣਗੇ ਤਾਂ ਉਹਨਾਂ ਨੇ ਸੁਣਨੀ ਥੋੜੀ ਅਮਰੀਕਾ ਦੀ। ਇਹ ਚੀਜ਼ ਤਾਂ ਬਹੁਤ ਜ਼ਿਆਦਾ ਪ੍ਰਚਾਰੀ ਵੀ ਗਈ ਹੈ, ਦੇਖੀ ਵੀ ਗਈ ਵੀ ਬਹੁਤ ਸਾਰੇ ਜਿਹੜੇ ਬਾਹਰਲੇ ਮੁਲਕ ਦੇ ਵੀ ਲੀਡਰਸ ਆ ਉਹ ਇਸ ਤਰੀਕੇ ਦੇ ਨਾਲ ਜਿਹੜੀ ਉਹ ਗੱਲ ਕਰਦੇ ਸੀਗੇ। ਜੱਫੀ ਤਾਂ ਜਿਹੜੀ ਆ ਉਹ ਟਰੰਪ ਹੋਣਾ ਨੇ ਮੋਦੀ ਨੂੰ ਜਿਹੜੀ ਉਹ ਪਾਈ ਆ। ਅਬ ਕੀ ਵਾਰ ਮੋਦੀ ਸਰਕਾਰ ਦਾ ਨਾਰਾ ਵੀ ਜਿਹੜਾ ਉਹਨਾਂ ਨੇ ਲਾਇਆ ਆ ਹੁਣੇ ਦੀਵਾਲੀ ਦੇ ਉੱਤੇ ਵੀ, ਜਿੱਦਾਂ ਦਾ ਟਰੰਪ ਹੋਣਾ ਦਾ ਬਿਆਨ ਸੀ ਉਹ ਟੋਟਲੀ ਜਿਹੜਾ ਉਹ ਡਿਫਰੈਂਟ ਸੀ। ਇਸ ਮੌਕੇ ਬਾਈਡਨ ਪ੍ਰਸ਼ਾਸਨ ਨੇ ਨਕੇਲ ਜ਼ਰੂਰ ਜਿਹੜੀ ਆ ਉਹ ਇੰਡੀਆ ਦੇ ਉੱਤੇ ਪੂਰੀ ਤਰ੍ਹਾਂ ਜਿਹੜੀ ਉਹ ਕੱਸੀ ਹੋਈ ਆ। ਸੋ ਕਈ ਜਣੇ ਇਸ ਐਂਗਲ ਤੋਂ ਦੇਖ ਕੇ ਜਿਹੜੇ ਉਹ ਚੱਲਣਗੇ, ਕਈਆਂ ਨੇ ਅਮਰੀਕਨ ਐਂਗਲ ਤੋਂ ਜਿਹੜਾ ਉਹ ਦੇਖ ਕੇ ਚੱਲਣਾ ਆ। ਬਾਕੀ ਲੋਕਾਂ ਨੇ ਹੁਣ ਮਤ ਦਾ ਦਾਨ ਕਰਤਾ ਆ, ਬਾਕੀ ਆਪਾਂ ਦੇਖਦੇ ਹਾਂ ਫਿਰ ਰਿਜ਼ਲਟ ਕਿੱਦਾਂ ਦਾ ਬਾਕੀ ਬਹੁਤ ਜਿਹੜਾ ਮੇਨ ਇਸ਼ੂ ਟਰੰਪ ਉਹਨਾਂ ਦਾ, ਕਿਉਂਕਿ ਉਹਨਾਂ ਦੇ ਅਗੇਂਸਟ ਬਹੁਤ ਸਾਰੇ ਰਿਪਬਲਿਕਨ ਵੀ ਇਸ ਕਰਕੇ ਵੀ ਹੈਗੇ ਆ ਕਿਉਂਕਿ ਉਹ ਵਾਰ ਦੇ ਅਗੇਂਸਟ ਲੜਾਈ ਦੇ। ਪਿਛਲੀ ਵਾਰੀ ਵੀ ਉਹ ਕਹਿੰਦੇ ਸੀ ਵੀ ਅਸੀਂ ਕਿਸੇ ਵੀ ਲੜਾਈ 'ਚ ਹਿੱਸਾ ਨਹੀਂ ਲੈਣਾ। ਬਿਲੀਅਨਸ ਆਫ ਡਾਲਰ ਯੂਕਰੇਨ 'ਚ ਲੱਗੇ ਆ। ਸੋ ਯੂਕਰੇਨ ਵਾਲਿਆਂ ਦਾ ਵਿਚਾਰਿਆਂ ਰਗੜੇ ਜਾ ਸਕਦੇ ਆ ਜੇ ਟਰੰਪ ਨਹੀਂ ਆਉਂਦੇ ਆ, ਤੇ ਉਹਨਾਂ ਨੂੰ ਸਮਝੌਤਾ ਕਰਨਾ ਹੀ ਪਊਗਾ ਰਸ਼ੀਆ ਦੇ ਨਾਲ, ਕਿਉਂਕਿ ਜਿਹੜੇ ਡਿਕ ਚੈਨੀ ਸੀ ਵਾਈਸ ਪ੍ਰੈਜ਼ੀਡੈਂਟ, ਉਹਨਾਂ ਨੇ ਤਾਂ ਇੰਡੋਰਸ ਕਰ ਦਿੱਤਾ ਕਮਲਾ ਹੈਰਿਸ ਨੂੰ, ਕਿਉਂਕਿ ਜਦੋਂ ਟਰੰਪ ਹੁਣੀ ਆਏ ਸੀ ਇਹਨੇ ਕਿਹਾ ਸੀ ਵੀ ਜਿਹੜੀ ਇਰਾਕ 'ਚ ਵਾਰ ਹੋਈ ਆ ਉਹ ਗਲਤ ਹੋਈ ਹੈਗੀ ਆ, ਅਸੀਂ ਇੰਨੇ ਪੈਸੇ ਖਰਾਬ ਕੀਤੇ, ਸਾਡੇ ਉੱਥੇ ਫੌਜੀ ਵੀ ਸ਼ਹੀਦ ਹੋਏ ਆ, ਉਹ ਸਾਨੂੰ ਉੱਥੇ ਨਹੀਂ ਕਰਨੀ ਚਾਹੀਦੀ ਸੀ। ਸੋ ਕਿਉਂਕਿ ਟਰੰਪ ਹੁਣੀ ਬਿਜ਼ਨਸਮੈਨ ਆ, ਇਸ ਕਰਕੇ ਉਹ ਵਾਰ ਦੇ ਅਗੇਂਸਟ ਆ। ਪਰ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਹਮੇਸ਼ਾ ਜੰਗ ਦੇ ਹੱਕ ਦੇ ਵਿੱਚ ਹੁੰਦੇ ਹੈਗੇ ਆ। ਜੇ ਪਿਛਲੇ ਸਮੇਂ ਤੁਹਾਨੂੰ ਜਾਰਜ ਬੁਸ਼ ਉਹਨਾਂ ਦਾ ਦੱਸਦੇ ਰਹੀਏ, ਉਹ ਜਦੋਂ ਇਰਾਕ 'ਚ ਲੜਾਈ ਲੱਗੀ ਸੀ ਕਹਿੰਦੇ ਯੂ ਆਰ ਵਿਦ ਅਸ ਔਰ ਅਗੇਂਸਟ ਅਸ, ਵਿੱਚ ਵਿਚਾਲੇ ਨਹੀਂ ਵੇ ਮੋਦੀਆਂ ਤੇ ਜੱਫੀ ਜਿਹੜੀ ਪੁਟਿਨ ਨੂੰ ਵੀ ਪਾਈ ਜਾਓ ਤੇ ਇੱਧਰ ਬਾਈਡਨ ਨੂੰ ਵੀ ਪਾਈ ਜਾਓ। ਸੋ ਉਹਨਾਂ ਦਾ ਸਟੈਂਡ ਸਿੱਧਾ ਸੀ। ਸੋ ਇਹ ਕਈ ਪਾਲਿਸੀਆਂ ਹੈਗੀਆਂ ਆ, ਪਰ ਆਪਾਂ ਤੁਹਾਨੂੰ ਦੱਸੇ ਸਕਦੇ ਵੀ ਕੀ ਹੋ ਰਿਹਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਹਨੂੰ ਵੋਟ ਪਾਓ, ਹੁਣ ਤਾਂ ਸਾਰਿਆਂ ਨੇ ਪਾ ਵੀ ਦਿੱਤੀ ਆ, ਜੋ ਰਿਜ਼ਲਟ ਆਏ ਆ ਉਹ ਤੁਹਾਡੇ ਨਾਲ ਸ਼ੇਅਰ ਕਰੀ ਜਾਂਦੇ ਆ। ਥੈਂਕ ਯੂ ਜਗ ਸਿੰਘ ਜੀ ਕਾਲ ਦੇ ਲਈ ਤੁਹਾਡਾ। ਜੀ ਥੈਂਕ ਯੂ, ਚੜ੍ਹਦੀ ਕਲਾ। ਓਕੇ ਹਰਜਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਜੀ ਬੜੇ ਖੁਸ਼ ਹਾਂ, ਇਸ ਵਾਰੀ ਪਹਿਲੀ ਵਾਰ ਅਸੀਂ ਸਿਟੀਜ਼ਨ ਬਣੇ ਤੇ 5 ਵੋਟਾਂ ਪਾਈਆਂ ਜੀ ਟਰੰਪ ਨੂੰ। ਠੀਕ ਹੈ ਜੀ, ਬਿਲਕੁਲ ਜੀ। ਤੇ ਬੜੇ ਖੁਸ਼ ਆ ਵੀ ਇਹਨਾਂ ਨੇ ਜਿਹੜੇ ਡੈਮੋਕ੍ਰੇਟ ਹੈ ਸਾਨੂੰ ਐਵੇਂ ਲੱਗੇ ਪਿੱਛੇ ਲੈ ਕੇ ਜਾ ਰਹੇ ਆ, ਤੇ ਜਿਵੇਂ ਕਾਫੀ ਚੋਰੀਆਂ ਚਾਰੀਆਂ ਹੋ ਰਹੀਆਂ ਯੂਨੀਵਰਸਿਟੀ ਵਗੈਰਾ ਹਰ ਪਾਸੇ ਜੀ। ਅਸੀਂ ਵੋਟਾਂ ਟਰੰਪ ਨੂੰ ਪਾਈਆਂ 5 ਸੀਟ, ਪਹਿਲੀ ਵਾਰ ਸਿਟੀਜ਼ਨ ਹੋਏ ਆ ਘਰ ਦੀ 5 ਵੋਟਾਂ। ਥੈਂਕ ਯੂ ਜੀ, ਧੰਨਵਾਦ ਜੀ, ਥੈਂਕ ਯੂ, ਸ਼ੁਕਰੀਆ। ਜਾਗਰੂਕ ਕਰਦੇ ਹੋ ਉਹਦੇ ਕਰਕੇ ਅਸੀਂ ਸਾਨੂੰ ਜਾਗਰੂਕ ਹੋਏ ਆ ਜੀ। ਪੰਜਾਬੀ ਰੇਡੀਓ ਵਾਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਹਰਜਿੰਦਰ ਜੀ, ਮਿਹਰਬਾਨੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਪਰਮਿੰਦਰ ਸਿੰਘ ਟਮਾਣਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਸਿਆਟਲ ਤੋਂ ਬੋਲਦਾ ਜੀ। ਜੀ ਭਾਜੀ, ਤੁਹਾਨੂੰ ਪਤਾ ਹੀ ਹੈ ਵੀ ਸਾਡੀ ਸਟੇਟ ਦੇ ਵਿੱਚ ਡੈਮੋਕ੍ਰੇਟ ਦੀ ਆਏ ਵਾਰ ਜਿੱਤਦੀ ਆ ਰਹੀ ਆ, ਤੇ ਸਾਡੇ ਹੁਣ ਟਰੱਕਾਂ ਸਾਨੂੰ ਪਤਾ ਹੀ ਆਪਣੇ ਕਿੰਨਾ ਮਾੜੇ ਦੌਰ ਤੇ ਲੰਘ ਰਹੇ ਆ, ਤੇ ਸਾਡਾ ਕੋਈ ਫਰਕ ਪਊਗਾ ਵੀ ਸਾਨੂੰ ਕੋਈ ਸਾਡਾ ਸੁੱਖ ਦਾ ਸਾਹ ਮਿਲੂਗਾ ਜੀ। ਬਹੁਤ ਔਖੇ ਹੋਏ ਅਸੀਂ 3 ਸਾਲ, ਤੁਹਾਨੂੰ ਪਤਾ ਆਪਾਂ ਬਾਕੀ ਰੇਡੀਓ ਤੇ ਗੱਲਬਾਤ ਕਰਦੇ ਰਹਿੰਦੇ ਵੀ ਟਰੱਕਾਂ ਦਾ ਕਿੰਨਾ ਮਾੜਾ ਚੱਲਿਆ ਜੀ। ਜਿਹੜਾ ਨਾ ਜਿੱਦਾਂ ਹੁਣ ਤੁਸੀਂ ਟਰੱਕਾਂ ਵਾਲੇ ਰੋਨੇ ਆ, ਮੈਂ ਕਈਆਂ ਨੂੰ ਜਾਣਦਾ, ਮੇਰੇ ਰਿਸ਼ਤੇਦਾਰ ਵੀ ਜਿਨ੍ਹਾਂ ਦੇ 7-11 ਸੀ ਡਾਊਨਟਾਊਨ ਵਾਸ਼ਿੰਗਟਨ 'ਚ, ਉਹਨਾਂ ਨੂੰ ਬੰਦ ਕਰਨੇ ਪੈ ਗਏ ਹਨਾ। ਉਹਨਾਂ ਨੂੰ ਮਿਲਿਆ ਕੁਛ ਨਹੀਂ ਵਿਚਾਰਿਆਂ ਨੂੰ, ਜਦੋਂ ਡਾਊਨਟਾਊਨ 'ਚ ਆਪਣੀ ਸਰਕਾਰ ਬਣਾ ਲਈ ਸੀ ਕੁਛ ਲੋਕਾਂ ਨੇ ਹਨਾ। ਸੋ ਡਾਊਨਟਾਊਨ ਤੁਹਾਡਾ ਵਾਸ਼ਿੰਗਟਨ ਦਾ 70-80% ਖਾਲੀ ਹੋਇਆ। ਸੋ ਹਰ ਕੋਈ ਆਪਣੇ ਇਸ਼ੂ ਤੇ ਔਖਾ ਹੈਗਾ। ਦੇਖੋ ਕੌਣ ਜਿੱਤਦਾ ਤੇ ਕਿਹੜਾ ਜਿਹੜਾ ਬਾਕੀ ਬਹੁਤ ਸਾਰੀਆਂ ਇਹ ਵੀ ਚੀਜ਼ ਨਾ ਇਹ ਆਪਾਂ ਜਿਹੜਾ ਇੱਕ ਵਾਰੀ ਫੇਰ ਕਲੀਅਰ ਕਰ ਦਈਏ ਵੀ ਜਿਹੜੇ ਬਹੁਤ ਸਾਰੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਨਾ, ਉਹ ਪੱਟ ਤੇ ਥਾਪੀ ਮਾਰ ਕੇ ਇਦਾਂ ਕਹਿ ਦਿੰਦੇ ਵੀ ਸ਼ਾਇਦ ਉਹਨਾਂ ਦੇ ਕੋਲ ਕੋਈ ਜਾਦੂ ਦੀ ਛੜੀ ਆ। ਇਹ ਵੀ ਨਹੀਂ ਆ ਜੇ ਟਰੰਪ ਜਿੱਤਦਾ ਜਾਂ ਹੈਰਿਸ ਜਿੱਤਦੀ ਆ, ਦੋਨਾਂ ਚੋਂ ਕੋਈ ਵੀ ਜਿਹੜਾ ਜਿੱਤਦਾ ਆ ਵੀ ਉਹਨਾਂ ਨੇ ਰਾਤੋਂ ਰਾਤ ਜਿਹੜਾ ਉਹ ਕੋਈ ਫਰਕ ਪਾ ਦੇਣਾ। ਰਿਪਬਲਿਕਨਸ ਕਹਿੰਦੇ ਆ ਵੀ ਭਾਈ ਤੁਹਾਡੇ ਕੋਲ 3.5-4 ਸਾਲ ਸੀਗੇ, ਤੁਸੀਂ ਕਰ ਲੈਂਦੇ ਜਿਹੜੀਆਂ ਚੇਂਜਸ ਜਿਹੜੀਆਂ ਉਹ ਕਰਨੀਆਂ ਸੀਗੀਆਂ, ਪਰ ਕਈ ਵਾਰੀ ਪਾਲਿਸੀਜ਼ ਨੂੰ ਟਾਈਮ ਲੱਗਦਾ ਆ। ਪਰ ਟਰੰਪ ਹੁਣੀ ਜਿਹੜਾ ਉਹ ਕਹਿੰਦੇ ਮੈਂ ਆਹ ਵੀ ਕਰ ਦੂੰ ਉਹ ਵੀ ਕਰ ਦੂੰ, ਇਹ ਵੀ ਏਡੀ ਕੋਈ ਸੌਖੀ ਜਿਹੜੀ ਉਹ ਗੱਲ ਨਹੀਂ ਹੁੰਦੀ। ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਕਈ ਵਾਰੀ ਤੁਹਾਡੇ ਲੋਕਲ ਪੱਧਰ ਦੇ ਉੱਤੇ ਜ਼ਿਆਦਾ ਅਸਰ ਕਰਦੇ ਆ, ਜਿਹੜੇ ਫੈਡਰਲ ਪੱਧਰ ਦੇ ਨਾਲੋਂ ਜਿਹੜਾ ਉਹ ਜ਼ਿਆਦਾ। ਸੋ ਜਦੋਂ ਤੁਸੀਂ ਆਪਾਂ ਵੋਟ ਪਾਉਣੀ ਹੁੰਦੀ ਆ, ਓਬਵੀਅਸਲੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਹਮੇਸ਼ਾ ਹੀ ਜ਼ਿਆਦਾ ਵੋਟਾਂ ਪੈਂਦੀਆਂ ਨੇ ਜਿਹੜੀਆਂ ਮਿਡ ਟਰਮਸ ਦੇ ਜਿਹੜਾ ਉਹ ਨਾਲੋਂ। ਉਹਦੇ ਕਰਕੇ ਜਿਹੜਾ ਇੱਕ ਝੁਕਾਵ ਜਿਹਾ, ਇੱਕ ਬਹਾ ਜਿਹਾ ਜਿਹੜਾ ਆ
ਉਹ ਤੁਰ ਪੈਂਦਾ ਆ। ਸੋ ਉਹਦੇ ਨਾਲ ਕਈ ਵਾਰੀ ਅਪ ਡਾਊਨ ਹੀ ਲੋਕ ਇੱਕੋ ਪਾਰਟੀ ਨੂੰ ਜਿਹੜੀਆਂ ਵੋਟ ਪਾ ਦਿੰਦੇ ਆ, ਕਈ ਵਾਰੀ ਜਿਹੜਾ ਇਸ ਨੂੰ ਸੋਚ ਕੇ ਦੇਖ ਕੇ ਲੋਕਲ ਜਿਹੜੀਆਂ ਰੇਸਿਸ ਆ ਉਹਨੂੰ ਦੇਖ ਕੇ ਜਿਹੜੀ ਉਹ ਵੋਟ ਪਾਉਂਦੇ ਆ। ਬਾਕੀ ਪਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਵਿਚਾਰ ਸਾਂਝੇ ਕਰਨ ਦੇ ਲਈ, ਗੱਲਬਾਤ ਕਰਨ ਦੇ ਲਈ। ਆਪਣੇ ਹਰਵਿੰਦਰ ਜੀ ਆਪਣੇ ਅਗਲੇ ਕਾਲਰ ਤੁਹਾਡੇ ਸਰਨਾਮੇ ਹੀ ਆ ਜੀ, ਹਰਵਿੰਦਰ ਜੀ ਆਪਣੇ ਨਾਲ ਜੁੜੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਹਰਵਿੰਦਰ ਜੀ ਕਰੋ ਜੀ ਗੱਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੀ ਭਾਈ ਪਹਿਲੀ ਵਾਰ ਕਾਲ ਕਰਨ ਤੁਹਾਡੇ ਸ਼ਹਿਰੋਂ ਵਿਸ਼ਵਿੰਦਰ ਤੋਂ ਬੋਲਦਾ ਜੀ, ਹਰਵਿੰਦਰ ਸਿੰਘ ਮੱਟੂ ਭਾਜੀ ਜੀ। ਭਾਜੀ ਪ੍ਰੋਗਰਾਮ ਤੁਹਾਡਾ ਸੁਣੀਦਾ ਬਹੁਤ ਵਧੀਆ, ਚੰਗੀ ਗੱਲ ਹੈ, ਬਹੁਤ ਵਧੀਆ ਗੱਲਾਂ ਬਾਤਾਂ ਕਰਦੇ ਆ। ਤੇ 8ਵੀਂ ਵਾਰੀ ਵੋਟਾਂ ਪਾਈਆਂ ਐਤਕੀ, ਤੇ ਐਤਕੀ 2 ਵਾਰੀ ਟਰੰਪ ਨੂੰ ਪਾਈਆਂ, ਬਾਕੀ ਸ਼ੇਅਰ ਰਿਪਬਲਿਕ ਡੈਮੋਕ੍ਰੇਟ ਨੂੰ ਪਾਈਆਂ। ਹੁਣ ਦੇਖਦੇ ਕੀ ਬਣਦਾ। ਠੀਕ ਹੈ ਜੀ, ਚਲੋ ਧੰਨਵਾਦ। ਹਾਂਜੀ ਹਾਂਜੀ ਸਾਰੇ ਕਾਰੋਬਾਰ ਕਰ ਚੁੱਕੇ ਆ, ਲਾ ਰੈਸਟੋਰੈਂਟ ਹੋਟਲਾਂ ਦਾ ਸਾਰਾ ਕੁਝ, ਪਰ ਪੰਗੇ ਸੈਸ਼ਨ ਚ ਭਾਜੀ ਤੁਹਾਨੂੰ ਪਤਾ ਸਭ ਕੁਝ ਡੁੱਬ ਜਾਂਦਾ। ਸਹੀ ਗੱਲ ਜੀ। ਹਾਂਜੀ ਹੁਣ ਟਰੱਕ ਚਲਾ ਰਹੇ ਆ ਇਸ ਤਰ੍ਹਾਂ ਸਾਊਥ ਕੋਟਾ ਖੜੇ। ਅੱਜ ਤੁਹਾਨੂੰ ਮੈਂ ਕਰੰਟ ਦੱਸਦਾ, ਮੈਂ ਬੇਲਿੰਗ ਦੇ ਵਿੱਚ ਸਵੇਰੇ 9 ਵਜੇ ਸਕੇਲ ਪਾਸ ਕੀਤੀ ਆ, 3 ਮੀਲ ਅੱਗੇ ਜਾ ਕੇ ਮੇਰੇ ਸੱਜੇ ਪਾਸੇ ਕਿਸੇ ਨੇ ਗੋਲੀ ਮਾਰੀ ਆ। ਅੱਛਾ ਜੀ। ਮੈਂ ਸਰਦਾਰ ਆ, ਪੱਗ ਬੱਧੀ ਆ, 60 ਸਾਲ ਦੀ ਏਜ ਹੋ ਗਈ ਆ, 40 ਸਾਲ ਅਮਰੀਕਾ ਨੂੰ ਹੋ ਗਿਆ। ਉਦੋਂ ਮੈਂ ਮੇਰੇ ਨਾਲ ਮੇਰਾ ਭਤੀਜਾ ਫੋਨ ਤੇ ਹੀ, ਮੈਂ ਤਾਂ ਦੱਸਣਾ ਚਾਹੁੰਦਾ ਤੁਹਾਨੂੰ ਕਾਲ ਕੀਤੀ ਵੀ ਲੋਕਾਂ ਨੂੰ ਥੋੜਾ ਜਿਹਾ ਅਲਰਟ ਕਰਿਓ। ਅਸੀਂ ਕਹਿੰਦੇ ਨਹੀਂ, ਪਰ ਸਾਨੂੰ ਲੋਕ ਨਹੀਂ। ਗੋਲੀ ਤੁਹਾਡੇ ਟਰੱਕ ਤੇ ਲੱਗੀ ਹੈ ਜੀ? ਪੈਸੇਂਜਰ ਸਾਈਡ ਤੇ 2 ਤੇ ਭਾਜੀ ਲੱਗੀ, ਫੋਟੋ ਭੇਜ ਦਊਂਗਾ। ਠੀਕ ਹੈ ਜੀ, ਨਹੀਂ ਜ਼ਰੂਰ ਘੱਲ ਦਿਓ ਜੀ। ਸ਼ਰਾਰਤੀ ਹੁੰਦੇ ਨੇ ਜਿਹੜੇ ਜਿਸ ਤਰ੍ਹਾਂ ਪਤਾ ਇਹ ਜਿਹੜੀਆਂ ਸਟੇਟਾਂ ਆ ਨਾ, ਇਹਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਮੈਜੋਰਟੀ ਚ ਕਿਹੜੇ ਲੋਕ ਰਹਿੰਦੇ ਆ। ਰੈਡਨੈਕ ਨੇ ਬਹੁਤ, ਬਿਲਕੁਲ ਜਿਹੜੇ ਰੇਸਿਸਟ ਬੰਦੇ ਬਹੁਤ ਰਹਿੰਦੇ ਉੱਧਰ। ਬੇਲਿੰਗ ਦੀ ਸਕੇਲ ਸੀ, ਮੇਰਾ ਭਤੀਜਾ ਹੈ ਰਹਿੰਦਾ ਫੋਨ ਤੇ ਹੀ ਮੇਰੇ ਨਾਲ। ਤੇ ਜਦੋਂ ਮੈਂ ਸਕੇਲ ਲੰਘਿਆ 3 ਮੀਲ, ਮੈਂ ਟਰੱਕ ਤੇਜ਼ ਸੀਗਾ। ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਵੀ ਲੋਕਾਂ ਨੂੰ ਅਲਰਟ ਹੋਣਾ ਚਾਹੀਦਾ ਹਨਾ ਜੀ। ਥੈਂਕ ਯੂ ਦੱਸਣ ਦੇ ਲਈ। ਟਰੱਕ ਤੇਜ਼ ਸੀ ਭਾਜੀ ਮੇਰਾ, 70 ਤੇ ਮੈਂ 55 ਸਪੀਡ ਲਿਮਿਟ ਮੈਂ ਰਾਈਟ ਲਾਈਨ ਚ ਕਰ ਲਿਆ, ਤੇ ਉਹ ਖੜਕਾ ਬਹੁਤ ਜ਼ੋਰ ਨਾਲ ਹੋ। ਮੈਨੂੰ ਕਹਿੰਦਾ ਚਾਚਾ ਤੇਰੇ ਪੱਤੀ ਪੁੱਤੀ ਲੱਗੀ, ਦੇਖ ਟਰੱਕ ਨੂੰ ਕੀ ਗੱਲ ਹੋਈ ਆ। ਮੈਂ ਟਰੱਕ ਗਾਂਹ ਜਾ ਕੇ ਰੋਕਿਆ, ਇੱਕ ਗੇੜਾ ਕੱਢਿਆ ਭਾਜੀ, ਮੈਨੂੰ ਕੁਛ ਨਹੀਂ ਹਰਜੋਤ ਸਿੰਘ ਜੀ ਕਾਰਨ ਕੁਛ ਪਤਾ ਨਹੀਂ ਲੱਗਾ। ਫਿਰ ਮੈਂ ਦੂਜਾ ਗੇੜਾ ਕੱਢਿਆ, ਜਦ ਦੂਜਾ ਗੇੜਾ ਕੱਢਿਆ ਜਿਹੜੇ ਪੈਸੰਜਰ ਸਾਈਡ ਆ ਜਿੱਥੇ ਲੌਕ ਹੁੰਦਾ ਉਹਦੇ ਲਾਗੇ ਉੱਥੇ ਗੋਲੀ ਵੱਜੀ ਹੈ ਨਾ, ਉੱਥੇ ਲਾਗੇ ਨਾਲੇ ਸਰਵਿਸ ਰੋਡ ਜਾਂਦਾ ਨਾਲ ਰੈਜ਼ੀਡੈਂਸ਼ੀਅਲ ਹੈ ਨਾ। ਫਿਰ ਮੈਂ ਦੇਖਿਆ ਫੋਟੋ ਖਿੱਚ ਕੇ ਉਹਨੂੰ ਪਾਈ। ਉਹ ਹੁਣ ਮੈਨੂੰ ਕਹਿੰਦਾ ਟਿਕਾਣੇ, ਕਹਿੰਦਾ ਚਾਚਾ ਮੇਰੀ ਵਾਈਫ ਕਹਿੰਦੀ ਤੈਨੂੰ ਪੁਲਿਸ ਸਪੋਰਟ ਕਰਾਉਣੀ ਚਾਹੀਦੀ ਸੀ। ਹੁਣ ਮੈਂ ਸਾਊਥ ਕੋਟਾ ਤੇ ਬੈਠਾ ਨਾ, ਇੱਥੇ ਲਵ ਤੇ ਟਰੱਕ ਸੌ ਤੇ। ਠੀਕ ਹੈ ਜੀ। ਮੇਰੇ ਘਰੇ ਮੈਂ ਆਪਦੇ ਦੱਸਿਆ ਨਹੀਂ ਫੋਨ ਕਰਕੇ ਆਹ ਗੱਲ ਹੋਈ ਆ, ਨਹੀਂ ਘਰਦਿਆਂ ਨੇ ਕਹਿਣਾ ਤੂੰ ਦੁਬਾਰਾ ਤੇ ਆਉਣਾ ਨਹੀਂ ਇੱਧਰ ਨੂੰ ਹਨਾ। ਤੇ ਹਾਲਾਤ ਭਾਜੀ ਖਰਾਬ ਆ। ਲੋਕ ਸਾਨੂੰ ਹੁਣ ਮੈਂ ਦਾੜੀ ਕੇਸ ਰੱਖਿਆ, ਸਰਦਾਰ ਆ ਹਨਾ, ਪੱਗ ਬੱਧੀ। ਉਹਨੂੰ ਮੇਰਾ ਭਤੀਜਾ ਕਹਿੰਦਾ ਨਹੀਂ ਓਦਾਂ ਏਦਾਂ ਚਲੋ ਠੀਕ ਆ, ਵਾਂਸ ਇਨ ਅ ਵਾਈਲ ਬਾਕੀ ਕਮਲੇ ਹਰ ਜਗ੍ਹਾ ਲੋਕ ਸਦਾਈ ਜਿਹੜੇ ਉਹ ਟੱਕਰ ਸਕਦੇ ਆ। ਆਪਾਂ ਨੂੰ ਵੀ ਪਤਾ ਆਪਾਂ ਸਾਰਿਆਂ ਨੂੰ ਦੀ ਕਿਰਪਾ ਹੋਈ ਹੋਵੇ, ਤੁਸੀਂ ਠੀਕ ਠਾਕ ਆ, ਅਰਦਾਸ ਕਰੋ। ਪਰ ਇਹ ਵੀ ਠੀਕ ਆ ਵੀ ਆਪਣੇ ਸਾਰੇ ਜਿੰਨੇ ਭੈਣ ਭਰਾ ਟਰੱਕਿੰਗ ਇੰਡਸਟਰੀ ਚ ਆ, ਇੱਕ ਦੂਜੇ ਦਾ ਵੀ ਧਿਆਨ ਰੱਖਿਆ ਕਰੋ ਤੇ ਕੇਅਰਫੁਲ ਰਿਹਾ ਕਰੋ, ਅਲਰਟ ਰਿਹਾ ਕਰੋ। ਬਿਲਕੁਲ ਜੀ, ਥੈਂਕ ਯੂ। ਇੱਕ ਦੇ ਨਾਲ ਆਪਾਂ ਸਾਰਿਆਂ ਨੂੰ ਇੱਕੋ ਰਸੇ ਨਾਲ ਵੀ ਨਹੀਂ ਬਣ ਸਕਦੇ, ਸਾਰੇ ਚੰਗੇ ਵੀ ਨਹੀਂ ਤੇ ਸਾਰੇ ਮਾੜੇ ਵੀ ਨਹੀਂ ਹੁੰਦੇ ਜੀ। ਆਪਣੇ ਅਗਲੇ ਕਾਲਰ ਨੇ ਜਸਵੰਤ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਤਿੰਨਾਂ ਵੀਰਾਂ ਨੂੰ ਬਹੁਤ ਬਹੁਤ ਮੇਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਹਰ ਗੱਲ ਨੂੰ ਅਨਾਉਂਸ ਕਰਦੇ ਹੋ ਤੇ ਪਤਾ ਲੱਗਦਾ ਸਾਰਿਆਂ ਨੂੰ। ਹੁਣ ਕਈ ਬੰਦੇ ਐਸੇ ਨੇ ਜਿਨ੍ਹਾਂ ਨੂੰ ਨਹੀਂ ਵੀ ਇੰਗਲਿਸ਼ ਆਉਂਦੀ, ਉਹ ਵੀ ਸਮਝਦੇ ਤਾਂ ਖੁਸ਼ ਹੁੰਦੇ ਤੁਹਾਨੂੰ ਅਸੀਸਾਂ ਦੇਦੀਆਂ 2 ਵੇਲੇ। ਜਦੋਂ ਵੀ ਰੇਡੀਓ ਲੱਗਾ ਰਹਿੰਦਾ ਉਹ ਸਾਰੀ ਗੱਲ ਦਾ ਪਤਾ ਲੱਗਦਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਜਿਹੜੇ ਮੰਚ ਲਈ ਅਸੀਂ ਹਮੇਸ਼ਾ ਹਮੇਸ਼ਾ ਯਾਦ ਕਰਦੇ ਹਾਂ ਤੁਹਾਨੂੰ, ਤੁਹਾਡੇ ਕੰਮ ਨੂੰ ਬਹੁਤ ਬਹੁਤ ਖੁਸ਼ੀ ਹੁੰਦੀ ਆ। ਅੱਜ ਦਾ ਪ੍ਰੋਗਰਾਮ ਜੋ ਵੀ ਵੋਟਾਂ ਦਾ ਤੁਸੀਂ ਦੇ ਰਹੇ ਹੋ, ਬਹੁਤ ਖੁਸ਼ੀ ਆ ਸੁਣ ਕੇ ਮਨ। ਜੋ ਬਾਕੀ ਜਿੱਤ ਹਾਰ ਤਾਂ ਹੁਣ ਦੋਹਾਂ ਵਿੱਚ ਜਿਹਨੂੰ ਮਿਲਣੀ ਉਦੋਂ ਮਿਲਣੀ, ਅਜੇ ਤੱਕ ਤਾਂ ਪਤਾ ਨਹੀਂ ਲੱਗ ਸਕਦਾ ਇੰਨੀ ਛੇਤੀ, ਪਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਧੰਨਵਾਦ। ਸਾਨੂੰ ਇਹ ਵੀ ਡਰ ਹੈ ਨਾ ਜੀ। ਹਾਂਜੀ ਰਾਜਕਨਵੀਰ ਸਿੰਘ ਜੀ ਤੇ ਹਰਵਿੰਦਰ ਜੀ, ਜਿਸ ਤਰ੍ਹਾਂ ਕਈ ਸਰੋਤੇ ਵੀ ਪੁੱਛਦੇ ਵੀ ਤੁਹਾਨੂੰ ਕੀ ਲੱਗਦਾ ਕੌਣ ਆਊਗਾ, ਕਿਹਨੂੰ ਜਾਣਾ। ਦੇਖੋ ਹੁਣ ਜਿਹੜਾ ਵੀ ਜਿੱਤਿਆ, ਕਿਸੇ ਨੇ ਨਹੀਂ ਸਾਨੂੰ ਲੱਡੂਆਂ ਦਾ ਡੱਬਾ ਭੇਜਣਾ, ਨਾ ਕਮਲਾ ਹੈਰਿਸ ਨੇ ਨਾ ਡੋਨਾਲਡ ਟਰੰਪ ਨੇ, ਠੀਕ ਹੈ ਕਿ ਨਹੀਂ। ਅਸੀਂ ਤਾਂ ਸਿਰਫ ਜੋ ਕੁਝ ਵਾਪਰਿਆ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਸਹੀ ਗੱਲ ਆ। ਇਹ ਵੀ ਡਰ ਆ ਕਈਆਂ ਨੂੰ ਕਿਤੇ ਬਦਲਾਵ ਇੱਥੇ ਵੀ ਨਾ ਆ ਜਾਵੇ, ਕਿਤੇ ਆਮ ਆਦਮੀ ਪਾਰਟੀ ਨੇ ਜਿਹੜੀ ਆ ਉਹ ਨਾ ਜਿਹੜੀ ਉਹ ਕਿਤੇ ਜਿੱਤ ਜਾਵੇ। ਪਰ ਕੋਈ ਗੱਲ ਨਹੀਂ, ਪਰ ਇਹ ਆ ਵੀ ਕੋਈ ਵੀ ਜਿੱਤੇ, ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਇੱਥੇ ਚੱਲਦੇ ਰਹਿਣੇ, ਉਹਨਾਂ 'ਚ ਕੋਈ ਚੇਂਜ ਨਹੀਂ ਆਣੀ ਹੈ। ਬਿਲਕੁਲ ਬਿਲਕੁਲ ਸਹੀ ਗੱਲ ਆ ਜੀ। ਬਾਕੀ ਇੱਕ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ, ਜਿਹੜੇ ਵੀ ਸਾਡੇ ਲਾਈਵ ਸਟ੍ਰੀਮਸ ਦੇਖ ਰਹੇ ਆ, ਜਿਹੜੇ ਵੀ ਪਲੇਟਫਾਰਮ ਦੇ ਉੱਤੇ, ਉਹ ਅੱਗੇ ਤੋਂ ਅੱਗੇ ਜ਼ਰੂਰ ਆਪਣੇ ਦੋਸਤਾਂ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਜਿਹੜਾ ਆ ਉਹ ਸ਼ੇਅਰ ਕਰੋ,
ਤਾਂ ਜੋ ਬਾਕੀ ਵੀ ਜਿਹੜੇ ਜਾਣੇ ਆ ਉਹ ਸਾਡੇ ਨਾਲ ਇਸੇ ਤਰੀਕੇ ਦੇ ਨਾਲ ਜੁੜਦੇ ਜਿਹੜੇ ਉਹ ਰਹਿਣ। ਹੁਣੇ ਕੁਛ ਮਿੰਟ ਪਹਿਲਾਂ ਐਸੋਸੀਏਟ ਪ੍ਰੈਸ ਨੇ ਕੋਲੋਰਾਡੋ ਦਾ ਵੈਸੇ ਪਹਿਲਾਂ ਲੀਡ ਦੇ ਵਿੱਚ ਕਿਹਾ ਸੀ, ਹੁਣ ਉਹਨਾਂ ਨੇ ਪੱਕਿਆ ਜਿਹੜਾ ਉਹਨਾਂ ਨੂੰ ਜਿਤਾ ਦਿੱਤਾ ਆ। ਡੋਨਲਡ ਟਰੰਪ ਉਹਨਾਂ ਨੂੰ ਯੂਟਾ ਤੇ ਮੋਂਟੈਨਾ ਜਿਹੜਾ ਉਹ ਆਲਰੇਡੀ ਉਹਨਾਂ ਨੂੰ ਵਿਨਰ ਜਿਹੜਾ ਉਸ ਦੇ ਵਿੱਚ ਘੋਸ਼ਿਤ ਕਰ ਦਿੱਤਾ ਆ। ਵਿਸਕੌਨਸਨ ਦੇ ਵਿੱਚ ਟਰੰਪ ਹੁਣੀ ਲੀਡ ਕਰ ਰਹੇ ਨੇ ਹੈਰਿਸ ਦੇ ਨਾਲੋਂ, ਕਹਿੰਦੇ ਵੀ ਪੁਆਇੰਟ ਦੇ ਨਾਲ 50% ਕਹਿੰਦੇ ਵੀ ਵੋਟਾਂ ਜਿਹੜੀਆਂ ਆਲਮੋਸਟ ਉਹ ਕਾਊਂਟ ਜਿਹੜੀਆਂ ਉਹ ਹੋ ਚੁੱਕੀਆਂ। ਕਹਿੰਦੇ ਵੀ ਉੱਥੇ ਲੌਂਗ ਕਾਊਂਟ ਆ, ਲੰਮਾ ਵਕਤ ਜਿਹੜਾ ਆ ਉਹ ਗਿਣਤੀ ਜਿਹੜੀ ਉਹ ਹੋਊਗੀ। 2020 2016 2004 ਤੇ 2000 ਦੇ ਵਿੱਚ ਜਿਹੜਾ ਵਿਕਟਰੀ ਦਾ ਮਾਰਜਨ ਆ 1 ਪੁਆਇੰਟ ਤੋਂ ਵੀ ਘੱਟ ਰਿਹਾ। ਸੋ ਇੰਨੀ ਜ਼ਿਆਦਾ ਟਾਸ ਅਪ ਸਟੇਟ ਆ, ਇੰਨੀ ਵੱਡੀ ਜਿਹੜੀ ਉਹ ਸਵਿੰਗ ਸਟੇਟ ਆ। ਬਾਈਡਨ ਹੁਣਾਂ ਨੇ 20,000 ਵੋਟ ਦੇ ਨਾਲ ਪਿਛਲੀ ਵਾਰ ਵਿਸਕੌਨਸਨ ਵਿਨ ਕੀਤੀ ਸੀ, ਜਿੱਥੇ 3.3 ਜਿਹੜੀਆਂ ਆ ਉਹ ਮਿਲੀਅਨ ਵੋਟਾਂ ਪਈਆਂ ਸੀ। 33 ਲੱਖ ਵੋਟਾਂ ਚੋਂ 20,000 ਵੋਟ ਦੇ ਨਾਲ ਮਹਿਜ਼ ਜਿਹੜੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਸੋ ਵਿਸਕੌਨਸਨ ਜਿਹੜੀ ਕੀ ਰੇਸ ਸਟੇਟ ਹੈਗੀ ਆ, ਸੋ ਸਾਨੂੰ ਸਾਡੇ ਸਰੋਤੇ ਪਾਕਰ ਸਿੰਘ ਸਿੱਧੂ ਹੁਣੀ ਮਿਲਵਾਕੀ ਤੋਂ ਦੇਖ ਰਹੇ ਆ। ਸਤਿ ਸ੍ਰੀ ਅਕਾਲ, ਤੁਹਾਡਾ ਧੰਨਵਾਦ। ਉੱਥੇ ਜਿਹੜਾ ਮਿਲਵਾਕੀ ਸ਼ਹਿਰ ਆ ਨਾ, ਉਹਦੀ ਜਿਹੜੀ ਪੋਪੂਲੇਸ਼ਨ ਆ ਮੈਜੋਰਟੀ ਉਹ ਕਾਲੇ ਮੂਲ ਦੇ ਲੋਕਾਂ ਦੀ ਆ। ਬਾਕੀ ਜਿਹੜੇ ਪੇਂਡੂ ਏਰੀਆ ਹੈਗਾ ਉਧਰ ਗੋਰੇ ਹੈਗੇ ਆ। ਸੋ ਇਹ ਵੀ ਡਿਸਾਈਡਿੰਗ ਸਟੇਟ ਹੈਗੀ ਆ। ਇਹ ਰਿਪਬਲਿਕਨ ਵੀ ਰਹੀ ਆ, ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਪਿਛਲੀ ਵਾਰੀ ਬਾਈਡਨ ਨੂੰ ਨਹੀਂ ਲੱਗ ਗਿਆ ਸੀ। ਜਿਸ ਟਾਈਮ ਤੁਹਾਡੇ ਨਾਲ ਆਪਾਂ ਖਬਰਾਂ ਸਾਂਝੀਆਂ ਕਰ ਰਹੇ ਆ 7:49 ਕੈਲੀਫੋਰਨੀਆ ਦੇ ਸਮੇਂ ਮੁਤਾਬਕ ਵਿਸਕੌਨਸਨ ਦੀ 56% ਕਾਊਂਟਿੰਗ ਹੋ ਚੁੱਕੀ ਆ। ਡੋਨਲਡ ਟਰੰਪ ਉਹਨਾਂ ਦੇ ਕੋਲ ਇਸ ਟਾਈਮ 9,48,914 ਵੋਟਾਂ ਆ। ਕਮਲਾ ਹੈਰਿਸ ਉਹਨਾਂ ਦੇ ਕੋਲ 9,22,000 ਦੇ ਕਰੀਬ ਜਿਹੜੀਆਂ ਵੋਟਾਂ ਹੈਗੀਆਂ। ਸੋ 20,000 ਵੋਟਾਂ ਦਾ ਸਿਰਫ 28,000 ਵੋਟਾਂ ਦਾ ਫਰਕ ਹੈਗਾ। ਜੀ ਬਿਲਕੁਲ। ਤੇ ਆਪਾਂ ਹਰਜੋਤ ਸਿੰਘ ਜੀ ਅਗਲੇ ਕਾਲਰਸ ਵੱਲ ਵੀ ਵਧਦੇ ਆ। ਹਾਂਜੀ ਹਰਵਿੰਦਰ, ਕੰਟੀਨਿਊ ਕਰੋ ਜੀ। ਜੀ ਮੈਂ ਇੱਕ ਇੰਟਰਸਟਿੰਗ ਇਹਦੇ ਚ ਕੇਸ ਦੱਸਣਾ ਵਰਮੌਂਟ ਦਾ। ਜ਼ਰੂਰ। ਵਰਮੌਂਟ ਦੀ ਆਪਾਂ ਗੱਲ ਤੇ ਉਹਦੇ ਵਿੱਚ ਕਮਲਾ ਹੈਰਿਸ ਜਿਹੜੇ ਆ ਕਹਿ ਲਓ ਕਿ ਆਲਮੋਸਟ ਵਿਨਰ ਹੀ ਆ। ਉਹਦੇ ਵਿੱਚ 18 ਆਲਮੋਸਟ 90% ਉੱਤੇ ਜਿਹੜੀ ਕਾਊਂਟਿੰਗ ਹੋ ਚੁੱਕੀ ਆ। ਪਰ ਜਦੋਂ ਆਪਾਂ ਸੈਨੇਟ ਦੀ ਗੱਲ ਕਰਦੇ ਵਰਮੌਂਟ ਤੋਂ, ਤੇ ਉਹ ਇੱਕ ਇੰਡੀਪੈਂਡੈਂਟ ਕੈਂਡੀਡੇਟ ਬਰਨੀ ਸੈਂਡਰਸ ਆ, ਉਹਨਾਂ ਉੱਥੋਂ ਜਿੱਤ ਡਿਕਲੇਅਰ ਕਰ ਚੁੱਕੇ ਆ। ਸੋ ਪ੍ਰੈਜ਼ੀਡੈਂਟ ਜਿਹੜੇ ਆ ਉਹ ਡੈਮੋਕ੍ਰੈਟ, ਸੈਨੇਟ ਜਿਹੜੇ ਉਹ ਇੰਡੀਪੈਂਡੈਂਟ। ਤੇ ਜੇ ਆਪਾਂ ਗਵਰਨਰ ਦੀ ਉੱਥੋਂ ਇਸ ਟਾਈਮ ਦੇ ਉੱਤੇ ਗੱਲ ਕਰਦੇ ਆ, ਤੇ ਗਵਰਨਰ ਜਿਹੜੇ ਆ ਰਿਪਬਲਿਕਨ ਫਿਲ ਸਕਾਟ ਜਿਹੜੇ ਆ ਉਹ ਅੱਗੇ ਚੱਲ ਰਹੇ ਆ। ਸੋ ਤੁਸੀਂ ਇਹ ਦੇਖੋ ਕਿ ਡਾਇਵਰਸਿਟੀ ਪੂਰੀ ਹੈ ਜੀ, ਲੋਕਾਂ ਦੀ ਪ੍ਰੈਫਰੈਂਸ ਆ ਜੀ, ਪੂਰੀ ਡਾਇਵਰਸਿਟੀ ਆ। ਸੋ ਡਿਪੈਂਡਿੰਗ ਅਪਨ ਕਿ ਉਹ ਕਿਹੜੇ ਮੁੱਦੇ ਲੈ ਕੇ ਅੱਗੇ ਆਉਂਦੇ ਆ। ਜੀ ਜੀ ਬਿਲਕੁਲ। ਆਪਣੇ ਜਿਹੜੇ ਅਗਲੇ ਕਾਲਰ ਉਹਨਾਂ ਵੱਲ ਵੀ ਆਪਾਂ ਵੱਧਦੇ ਹਾਂ। ਜੋਹਲ ਸਿੰਘ ਜੀ ਆਪਣੇ ਨਾਲ ਜੁੜੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੋਹਲ ਜੀ। ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੈਂ ਵੀ ਤਕਰੀਬਨ ਇੱਧਰਲੇ ਆਪਣੇ ਯੂਰਪ ਦੇ 4 ਵਜੇ ਰਾੜੀ ਸਟਾਰਟ ਕੀਤਾ ਸੀ। ਮੈਂ ਚੱਲ ਸੁਣਦੇ ਆ ਜੀ ਕੀ ਖਬਰ ਆ ਰਹੀ ਆ। ਠੀਕ ਹੈ ਜੀ। ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ। ਹਾਂਜੀ ਹਾਂਜੀ ਭਾਜੀ ਪਰ ਯੂਰਪ ਦੇ ਕਿਹੜੇ ਮੁਲਕ ਚ, ਕਿਹੜੇ ਕੰਟਰੀ ਚ ਰਹਿੰਦੇ ਤੁਸੀਂ? ਮੈਂ ਬਿਆਨਾ ਜੀ, ਆਸਟਰੀਆ ਜੀ, ਜਰਮਨ ਦੇ ਨਾਲ। ਹਿਟਲਰ ਦੇ ਦੇਸ਼ ਚ ਰਹਿੰਦੇ ਆ ਫਿਰ ਤੁਸੀਂ? ਹਾਂਜੀ ਹਾਂਜੀ ਹਾਂਜੀ। ਜਿਹੜੇ ਯੂਰਪ ਵਾਲੇ ਆ ਨਾ ਉਹ ਟਰੰਪ ਨੂੰ ਨਹੀਂ ਲਾਈਕ ਕਰਦੇ ਵਾਲਾ। ਹਾਂਜੀ ਨਹੀਂ ਜੀ, ਇਹਨਾਂ ਦੇ ਸੂਬੇ ਵਾਲੇ ਲੜਾਈ ਤੋਂ ਪਰਾਂ ਭਜਦੇ ਆ ਜੀ। ਇੱਧਰ ਵਾਲੇ ਕਰਦੇ ਆ, ਪੋਲੈਂਡ ਵਾਲੇ ਹੋ ਗਏ, ਇਹ ਹੋ ਗਏ, ਇਹ ਕਹਿੰਦੇ ਆ ਵੀ ਨਹੀਂ ਉਹੀ ਠੀਕ ਆ, ਲੜਾਈ ਨਾ ਹੀ ਹੋਵੇ ਤੇ ਚੰਗਾ। ਨਹੀਂ ਭਾਜੀ ਅਸੀਂ ਖਤਰੇ ਦੇ ਮੁੱਢ ਬੈਠੇ ਆ ਨਾ ਜੀ। ਸਾਡੇ ਕੋਲ ਰਸ਼ੀਆ ਦੂਰ ਕਿੰਨਾ ਗਈ 2000 ਕਿਲੋਮੀਟਰ ਦਾ ਹੈਗਾ ਜੀ। ਹਾਂਜੀ ਏਦਾਂ ਹੀ ਆ ਵੀ ਉਹ ਕੋਈ ਗੱਲਬਾਤ ਹੋ ਗਈ ਜੀ। ਉਹ ਕਹਿੰਦੇ ਵੀ ਪੁਤਿਨ ਨੇ ਛਿੱਕ ਵੀ ਮਾਰੀ ਤਾਂ ਉੱਥੇ ਪਹੁੰਚ ਜਾਂਦੀ ਆ। ਤੁਹਾਡੇ ਵੀ ਇਸ ਵਾਰ ਜਿਹੜੀ ਨਵੀਂ ਸਰਕਾਰ ਬਣੀ ਆ ਕਾਫੀ ਉਹ ਰਾਈਟ ਜਿਹੜੀ ਲੀਨਿੰਗ ਵਾਲੀ ਹੈਗੀ ਆ। ਇਮੀਗ੍ਰੇਸ਼ਨ ਨੇ ਕਾਫੀ ਟਾਈਟ ਕੀਤੀ ਆ ਉਹਨਾਂ ਨੇ, ਮੈਂ ਸੁਣਿਆ ਕਹਿੰਦੇ। ਹਾਂਜੀ ਮੇਰੇ ਟੈਟ 4 ਸਫੇਰੇ ਯੂਰਪ ਸਾਰੇ ਕਰਤੀ ਜੀ, ਜਿੰਨਾ ਅਸੀਂ ਯੂਰਪ ਸਾਰੇ ਮੁਲਕਾਂ ਟੈਟ ਕਰਤੀ ਜੀ ਤਕਰੀਬਨ ਜੀ। ਆਪਣੇ 4 ਸਫੇਰੇ ਇਸ ਟਾਈਮ ਜੀ। ਪਰ ਬਾਕੀ ਗੱਲ ਇਹ ਆ ਜੀ ਭਾਜੀ, ਮੈਂ 2-3 ਗੱਲਾਂ ਕਾਊਂਟ ਕੀਤੀਆਂ ਆਪਣੇ ਲੋਕਾਂ ਦੀਆਂ ਜਿੱਦਾਂ ਵੀ ਜੀ। ਇੱਕ ਤਾਂ ਆਪਣੇ ਲੋਕਾਂ ਦੀ ਅਮਰੀਕਾ ਚੀਜ਼ ਜਿਆਦਾ ਪੈਂਦੇ ਮਹਿੰਗਾਈ ਕਰਕੇ, ਮਹਿੰਗਾਈ ਸਾਰੇ ਪਾਸੇ ਹੋਈ ਆ। ਜਿਹੜੀ ਚੀਜ਼ ਆ ਅਮਰੀਕਾ ਨੂੰ ਗਿਣਨਾ ਚ ਮਿਲਦੀ ਹੈ ਨਾ, ਆਪਾਂ ਆਪਣੇ ਥੋਕ ਜਿਹੜੀ ਚੀਜ਼ ਮਿਲੇ ਥੋਕ ਵਿੱਚ ਮਿਲਦੀ ਆ ਨਾ ਜੀ, ਸਾਨੂੰ ਲੀਟਰਾਂ ਚ ਮਿਲਦੀ ਆ ਜੀ। ਜਿੱਦਾਂ ਬਈ ਇੱਕ ਮੈਂ ਇਹ ਕਹਿੰਦਾ ਜੀ, ਜਿੱਦਾਂ ਹੁਣ ਇਹ ਕਾਊਂਟ ਕਰਦੇ ਆ ਜੀ, ਜਿੱਦਾਂ ਤੁਸੀਂ ਅਮਰੀਕਾ ਨੇ ਬਈ ਫਾਹੇ ਇੰਨੇ ਕੁ ਲਏ ਆ ਵੀ ਤਾਂ ਚੀਕਾਂ ਪੈਂਦੀਆਂ ਜਾਂ ਵਾਕਿਆ ਮਹਿੰਗਾਈ ਹੋ ਗਈ ਆ। ਕਿ ਅਸੀਂ ਤਾਂ
ਉਹਦੇ ਕਹਿਣ ਵਾਂਗੇ ਜੰਮੇ ਮਹਿੰਗਾਈ ਚ ਪਲਦੇ ਮਹਿੰਗਾਈ ਚ ਹੁਣ ਵੀ ਸਾਡੇ ਮਹਿੰਗਾਈ ਤੋਂ ਕੰਮ ਸਾਡੇ ਤਾਂ ਸ਼ੁਰੂ ਤੋਂ ਲੈ ਕੇ ਤਾਂ ਮਹਿੰਗਾਈ ਚੱਲਦੀ ਆ ਜੀ। ਕੋਈ ਛੋਟੀਆਂ ਕੰਟਰੀਆਂ ਜੀ 4 ਚੀਜ਼ਾਂ ਲੈਣੀਆਂ ਪੈਂਦੀਆਂ ਜੀ। ਹੁਣ ਇਹ ਨਹੀਂ ਪਤਾ ਜੀ ਕੀ ਚੱਕਰ ਹੈ ਅਮਰੀਕਾ ਦਾ, ਆਪਣੇ ਲੋਕਾਂ ਦੇ ਸਾथ ਚੀਕ ਪੈਂਟ ਹੀ ਆ ਨਾ ਜੀ। ਟਰੱਕ ਵਾਲੇ ਚੀਕਾਂ ਮਾਰੀ ਜਾਂਦੇ ਆ, ਕਾਰਾਂ ਵਾਲੇ ਮਾਰੀ ਜਾਂਦੇ ਆ ਜੀ, ਆਪਣੇ ਗਰੋਸਰੀ ਲੈ ਕੇ ਵੀ ਮਾਰੀ ਜਾਂਦੇ ਆ ਜੀ। ਇਹ ਸਮਝ ਤੋਂ ਬਾਹਰ ਗੱਲਾਂ। ਬਿਲਕੁਲ ਇਹ ਨਾ ਕੋਵਿਡ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਹਿੱਸਾ ਹੈ। ਉਸ ਟਾਈਮ ਦੇ ਉੱਤੇ ਇੰਨੇ ਜ਼ਿਆਦਾ ਨੋਟ ਛਾਪੇ ਗਏ, ਬੈਨੀਫਿਟਸ ਇੰਨੇ ਜ਼ਿਆਦਾ ਫ੍ਰੀ ਮਨੀ ਅਮਰੀਕਾ ਕੈਨੇਡਾ ਨੇ ਵੰਡਿਆ ਨਾ, ਉਹਦੇ ਨਾਲ ਇਨਫਲੇਸ਼ਨ ਬਹੁਤ ਜ਼ਿਆਦਾ ਜਿਹੜੀ ਵੱਧ ਗਈ, ਉਹ ਵੀ ਇੱਕ ਅਸਰ ਹੈ। ਫਿਰ ਭਾਜੀ ਉਹੀ ਗੱਲ ਹੈ ਨਾ, ਫਿਰ ਉਹ ਇੰਡੀਆ ਵਾਲਾ ਗੱਲ ਹੋ ਗਿਆ ਨਾ ਵੀ ਹੁਣ ਆਟਾ 5 ਕਿਲੋ ਫ੍ਰੀ ਮਿਲਦਾ, ਫਿਰ ਉਹ ਬੰਦ ਹੋ ਜੇ ਫਿਰ ਦੁੱਖ ਤਾਂ ਲੱਗਦੇ ਨੇ। ਹਾਂ ਇਹੀ ਗੱਲ ਹੈ। ਆਟਾ ਦਾਲ ਸਕੀਮ ਕਿਸੇ ਵੀ ਮੁਲਕ 'ਚ ਜ਼ਿਆਦਾ ਲੰਮਾ ਸਮਾਂ ਚਲਾਓ, ਸਾਰਿਆਂ ਨੂੰ ਦੇਈ ਜਾਓ, ਜਿਹਨੂੰ ਲੋੜ ਵੀ ਨਹੀਂ ਆ ਤਾਂ ਫਿਰ ਉਹਦਾ ਨੁਕਸਾਨ ਜਿਹੜਾ ਇਵੈਂਚੁਅਲੀ ਝੱਲਣਾ ਪੈਂਦਾ ਜੀ ਇਨਫਰਾਸਟ੍ਰਕਚਰ ਨੂੰ। ਜੀ ਚੱਲਣਾ ਪੈਂਦਾ। ਹਾਂਜੀ ਹਾਂਜੀ, ਧੰਨਵਾਦ ਜਵਾਲ ਜੀ, ਮਿਹਰਬਾਨੀ। ਹਾਂਜੀ ਓਕੇ ਭਾਈ, ਧੰਨਵਾਦ ਜੀ ਭਾਜੀ। ਓਕੇ, ਥੈਂਕ ਯੂ, ਸ਼ੁਕਰੀਆ। ਸੋ ਮਾਫੀ ਚਾਹੁੰਦੇ ਆ, ਕਾਲਸ ਆਪਣੇ ਕੋਲ ਬਹੁਤ ਆ, ਅਸੀਂ ਚਾਹੁੰਦੇ ਆ ਵੀ ਵੱਧ ਤੋਂ ਵੱਧ ਜਿਹੜੇ ਸਰੋਤਿਆਂ ਦੀਆਂ ਕਾਲਸ ਵੀ ਜਿਹੜੀਆਂ ਆਪਾਂ ਨਾਲ ਲਈ ਚੱਲੀਏ। ਸੋ ਥੈਂਕ ਯੂ ਇਹਨਾਂ ਦਾ। ਤੇ ਬਾਕੀ ਪ੍ਰੋਪੋਜੀਸ਼ਨ 36 ਦਾ ਵੀ ਤੁਹਾਨੂੰ ਜਿਹੜਾ ਉਹ ਦੱਸਾਂਗੇ ਕੀ ਇੱਥੇ ਜਿਹੜਾ ਉਹ ਬਣਿਆ, ਉਹ ਬੜੀ ਇੰਪੋਰਟੈਂਟ। ਹਜੇ ਕੈਲੀਫੋਰਨੀਆ 'ਚ ਕਾਊਂਟਿੰਗ ਸ਼ੁਰੂ ਨਹੀਂ ਹੋਈ, ਥੋੜੇ 8-10 ਮਿੰਟ ਤੋਂ 7 ਮਿੰਟ ਬਾਅਦ ਜਿਹੜੀ ਹਰਜੋਤ ਸਿੰਘ ਜੀ ਇੱਥੇ ਕਾਊਂਟਿੰਗ ਜਿਹੜੀ ਉਹ ਸ਼ੁਰੂ ਹੋ ਸਕਦੀ ਆ, ਜੇ ਅਨਲੈਸ ਕਿਸੇ ਥਾਂ ਦੇ ਉੱਤੇ ਜਿਹੜਾ ਉਹ ਜ਼ਿਆਦਾ ਵਕਤ ਜਿਹੜਾ ਉਹ ਨਾ ਲੱਗੇ। ਅਗਲੇ ਕਾਲਰ ਨੇ ਆਪਣੇ ਨਾਲ ਰਣਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ, ਮੈਂ ਦੁਬਾਰਾ ਫੇਰ ਆਇਆ ਕਿਉਂਕਿ ਤੁਹਾਡੀਆਂ ਸੁਣ ਕੇ ਗੱਲਾਂ ਬਾਤਾਂ ਸੀ ਨਾ, ਦੁਬਾਰਾ ਹੁਣ ਵੋਟ ਪਾਉਣ ਆਏ ਲਾਈਨ ਚਲਾ ਕੇ ਕੈਲੀਫੋਰਨੀਆ। ਕੀ ਬਾਤ ਹੈ ਜੀ, ਬਹੁਤ ਚੰਗੀ ਗੱਲ ਆ। ਗੁੱਡ, ਥੈਂਕ ਯੂ। ਟਾਈਮ ਸਿਰ ਪਹੁੰਚ ਗਏ ਤੁਸੀਂ, ਫੇਰ ਇਹਦਾ ਮਤਲਬ ਪਹੁੰਚ ਗਏ। ਮੇਰੇ ਫਾਦਰ ਜੀ ਕੋਲ ਰਜਿਸਟਰ ਸੀ, ਉਹ ਕਹਿੰਦੇ ਹੁਣ ਪੁੱਛ ਕੇ ਰਜਿਸਟਰ ਹੁਣ ਕਰਾ ਸਕਦੇ ਆ। ਪ੍ਰੋਵੀਜ਼ਨਲ ਪੈ ਜਾਣੀ ਹੈ ਜੀ, ਬਿਲਕੁਲ ਪੈ ਜਾਣੀ ਹੈ। ਹਾਂਜੀ ਪ੍ਰੋਵੀਜ਼ਨਲ ਆਈਡੀ ਲੈ ਆਇਓ ਨਾਲ, ਉਹਨਾਂ ਪ੍ਰੋਵੀਜ਼ਨਲ ਪੈ ਜਾਣੀ ਹੈ। ਹਾਂਜੀ ਲੈ ਜੀ, ਆਈਡੀ ਸਾਰੀ ਲੈ ਆ। ਬਸ ਠੀਕ ਹੈ। ਇੱਕ ਹੋਰ ਮੈਂ ਗੱਲ ਕਰਨੀ ਸੀ ਕਿ ਚਲੋ ਬਹੁਤ ਸੋਹਣਾ ਆ ਤੁਹਾਡਾ, ਬਹੁਤ ਵਧੀਆ ਪ੍ਰੋਗਰਾਮ ਆ। ਕੋਈ ਵੀ ਵੈਸੇ ਤਾਂ ਇਸ ਵਾਰ ਸਾਰੇ ਟਰੰਪ ਨੂੰ ਲਾਈਕ ਕਰਦੇ ਆ ਮੋਸਟਲੀ, ਕਿਉਂਕਿ ਹੋਮਲੈਸ ਬਹੁਤ ਆ ਗਏ ਕੈਲੀਫੋਰਨੀਆ ਦੇ ਬਾਹਰ ਵੀ ਬਹੁਤ ਆ, ਬੜੀ ਹੋਮਲੈਸਨੈਸ। ਤੇ ਸਭ ਤੋਂ ਵੱਡੀ ਗੱਲ ਕੋਈ ਵੀ ਬਣ ਜੇ, ਸਾਡੀ ਜਨਤਾ ਬਾਰੇ ਸੋਚਣਾ ਚਾਹੀਦਾ ਉਹਨਾਂ ਨੂੰ, ਰਾਈਟ। ਬਿਲਕੁਲ। ਸੜਕਾਂ ਬਹੁਤ ਟੁੱਟੀਆਂ, ਮੈਂ ਟਰੱਕਿੰਗ ਦਾ ਕੰਮ ਕਰਦਾ, ਟਰੱਕ ਚਲਾਉਂਦੇ ਅਸੀਂ, ਸੜਕਾਂ ਟੁੱਟੀਆਂ, ਬੁਰਾ ਹਾਲ ਆ ਨਾ। ਤੇ ਉਹ ਨਾ ਹੋਵੇ ਕਿ ਅਸੀਂ ਸਾਰੇ ਟਰੰਪ ਕਰੀ ਜਾਂਦੇ, ਮੁੜ ਕੇ ਆਮ ਆਦਮੀ ਪਾਰਟੀ ਵਾਂਗ ਹੋਵੇ ਨਾ ਜਿੱਦਾਂ ਉੱਥੇ ਇੰਡੀਆ ਹੋਈ ਆ। ਹਾਂਜੀ, ਇਹ ਤਾਂ ਬਾਅਦ ਹੀ ਪਤਾ ਲੱਗੂ ਹੁਣ। ਜੀਵੇ ਆਸਾ ਮਰੇ ਨਿਰਾਸਾ, ਹਨਾ। ਸੋ ਆਸ ਰੱਖਣੀ ਚਾਹੀਦੀ ਆ। ਆਸ ਨਾਲ ਤਾਂ ਸਾਰੇ ਏਸੀਏ ਟਰੰਪ ਨੂੰ ਲਿਆਉਣਾ ਚਾਹੀਦਾ, ਪਰ ਮੈਂ ਇਹ ਵੀ ਸੋਚਦਾ ਵੀ ਕਿ 4 ਸਾਲ ਟਰੰਪ ਲਾਈ ਗਿਆ ਸਕਾਂ ਉਦੋਂ ਵੀ, ਚਲੋ ਉਹਨੇ ਬਹੁਤ ਕੁਛ ਕੀਤਾ। ਤੇ ਵੈਸੇ ਡੈਮੋਕ੍ਰੇਟ ਵੀ ਬੜਾ ਕੁਛ ਕਰ ਰਹੇ ਆ, ਅਸੀਂ ਵੈਸੇ ਡੈਮੋਕ੍ਰੇਟ ਹੀ ਆ, ਫਿਰ ਪੁੱਛੋ ਤਾਂ। ਦੇਖੋ ਜੀ ਕੋਈ ਚੱਕਰ ਹੀ ਨਹੀਂ, ਇਹ ਨਹੀਂ ਹੁੰਦਾ। ਜਿਹੜੇ ਡੈਮੋਕ੍ਰੇਟ ਪ੍ਰੈਜ਼ੀਡੈਂਟ, ਦੇਖੋ ਬਿਲ ਕਲਿੰਟਨ, ਹੀ ਵਾਸ ਵਨ ਆਫ ਦਾ ਬੈਸਟ ਪ੍ਰੈਜ਼ੀਡੈਂਟ। ਓਬਾਮਾ ਜਿਹੜੇ ਸੀ ਬਹੁਤ ਵਧੀਆ ਪ੍ਰੈਜ਼ੀਡੈਂਟ ਰਹੇ ਹੈਗੇ ਆ। ਸੋ ਇਦਾਂ ਨਹੀਂ ਹੈ ਕਿ ਦੋਨਾਂ ਪਾਰਟੀਆਂ ਚੰਗੇ ਬੰਦੇ ਵੀ ਹੁੰਦੇ ਆ, ਹਨਾ। ਹੁਣ ਬਾਈਡਨ ਹੋਣੀ ਥੋੜੇ ਬਜ਼ੁਰਗ ਵੀ ਹੋਏ ਸੀਗੇ, ਤੇ ਇਹਨਾਂ ਨੇ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਕੀਤਾ, ਹੋਮਲੈਸਨੈਸ ਨੂੰ, ਕ੍ਰਾਈਮ ਵਾਲਾ ਜਿਹੜਾ ਕਾਫੀ ਇਹ ਲੈ ਬੈਠਾ ਜੀ, ਇਹਨਾਂ ਨੂੰ ਇਹਦੇ ਤੇ ਅਸਰ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਇਹ ਚੀਜ਼ ਦਾ ਅਸਰ ਪਿਆ। ਬਿਲਕੁਲ। ਥੋੜਾ ਜਿਹਾ ਇਹਨਾਂ ਨੇ ਇੱਕ ਉਹ ਕਰਦਾ ਵੀ ਚੋਰੀ $1000 ਨਹੀਂ ਕਰ ਲੋ, ਕੋਈ ਫੜਦਾ ਨਹੀਂ। ਤੁਸੀਂ ਦੇਖੋ ਸਟੋਰਾਂ ਦੇ ਕੀ ਕੁਛ ਹੋ ਰਿਹਾ, ਬਹੁਤ ਜ਼ਿਆਦਾ ਬੁਰਾ। ਉਹ ਤਾਂ ਸਾਡੇ ਗਵਰਨਰ ਨੇ ਕੀਤਾ, ਉਹ ਦੇਖ ਲਓ ਵੀ ਐਡਾ ਕਮਲਾ ਆ। ਉਹ ਹੁਣ ਜਦੋਂ ਪ੍ਰੋਪੋਜੀਸ਼ਨ 36 ਆਈ, ਉਹ ਫੇਰ ਵੀ ਉਹਨਾਂ ਦੇ ਬੈਲਟ ਜਿਹੜੇ ਫਲਾਇਰ ਭੇਜ ਰਿਹਾ ਲੋਕਾਂ ਦੇ ਘਰਾਂ 'ਚ ਵੀ ਨਹੀਂ ਜੀ ਇਹ ਤੇ ਨੋ ਕਰਿਓ। ਵੀ ਯਾਰ ਤੁਸੀਂ ਲੋਕਾਂ ਦੇ ਬਿਜ਼ਨਸ ਬੰਦ ਹੋ ਗਏ, ਸੈਨ ਫਰਾਂਸਿਸਕੋ 80% ਬੰਦ ਹੋ ਗਿਆ, ਤੇ ਜਿਹੜੇ ਬਿਜ਼ਨਸਸ ਆ, ਆਪਣੇ ਬੰਦਿਆਂ ਦੇ ਵਿਚਾਰਿਆਂ ਦਾ ਬੁਰਾ ਹਾਲ ਆ, ਜਿਨ੍ਹਾਂ ਦੇ ਸਟੋਰ ਆ, ਰੈਸਟੋਰੈਂਟ ਹੈਗੇ, ਗੈਸ ਸਟੇਸ਼ਨ। ਸੋ ਇਹਨਾਂ ਨੂੰ ਲੈਸਨ ਮਿਲਣਾ, ਕਿਉਂਕਿ ਚਲੋ ਠੀਕ ਆ, ਕੈਲੀਫੋਰਨੀਆ ਨਹੀਂ ਤਾਂ ਬਲੂ ਸਟੇਟ ਹੀ ਆ, ਪਰ ਮੈਨੂੰ ਲੱਗਦਾ ਵੀ ਰਿਪਬਲਿਕਨ ਕਾਫੀ ਵੋਟਾਂ ਲੈ ਜਾਣਗੇ ਜੀ। ਏਦਾਂ ਹੁੰਦਾ ਆ, ਸੌਰੀ ਤੁਹਾਡੀ ਗੱਲ ਨੂੰ ਵਿੱਚ ਹੀ ਰਣਜੀਤ ਜੀ ਕੱਟ ਰਿਹਾ, ਵੀ ਏਦਾਂ ਹੁੰਦਾ ਵੀ ਬਹੁਤ ਸਾਰੀਆਂ ਜਿਹੜੀਆਂ ਕੀ ਅਸੈਂਬਲੀ ਜਾਂ ਕਾਂਗਰਸ ਦੀਆਂ ਜਿਹੜੀਆਂ ਸੀਟਸ ਹੁੰਦੀਆਂ, ਉਹਨਾਂ ਵਿੱਚ ਜਿਹੜਾ ਉਹ ਕਿਤੇ ਜਿਹੜਾ ਉਹ ਫਰਕ ਪੈ ਸਕਦਾ ਹੁੰਦਾ ਹੈ ਜੀ, ਪੈ ਸਕਦਾ। ਹਾਂਜੀ, ਥੈਂਕ ਯੂ ਰਣਜੀਤ ਜੀ ਕਾਲ ਦੇ ਲਈ। ਤੁਸੀਂ ਕਿਹੜੇ ਏਰੀਏ ਤੋਂ? ਧੰਨਵਾਦ ਜੀ। ਅਸੀਂ ਫਰੀਜ਼ਨੋ, ਕੈਲੀਫੋਰਨੀਆ ਫਰੀਜ਼ਨੋ ਆ ਜੀ। ਚਲੋ ਜੀ ਪਾਓ ਜੀ ਵੋਟ, ਹੁਣ ਲਾਈਨ 'ਚ ਲੱਗ ਗਏ ਆ, ਵੋਟ ਪਾ ਕੇ ਨਿਕਲਣਾ ਹੈ ਜੀ। ਚਲੋ ਥੈਂਕ ਯੂ ਜੀ, ਧੰਨਵਾਦ ਜੀ, ਸ਼ੁਕਰੀਆ ਜੀ। ਟਰੰਪ ਨੂੰ ਮਾਰਾਂਗੇ ਜੀ ਇਸ ਵਾਰ। ਠੀਕ ਆ ਜੀ, ਦੇਖ ਲਓ ਹੁਣ ਆਪੇ ਦੱਸ। ਠੀਕ ਆ, ਤੁਹਾਡੇ 2 ਕਾਂਗਰਸਮੈਨ ਬਹੁਤ ਇੰਪੋਰਟੈਂਟ ਆ, ਜਿਹੜੇ ਸਿੱਖਾਂ ਲਈ ਖੜੇ ਆ। ਜੇ ਤੁਹਾਡੇ ਇਲਾਕੇ ਉਹਨਾਂ ਦਾ ਨਾਂ ਜ਼ਰੂਰ ਦੇਖ ਲਿਓ ਜੀ। ਜਰੂਰ ਜੀ, ਜਰੂਰ। ਥੈਂਕ ਯੂ ਜੀ, ਮਿਹਰਬਾਨੀ ਜੀ। ਸਨੀ ਗਰੇਵਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਬਾਈ ਜੀ, ਮੈਂ ਤਾਂ ਇਹੀ ਕਹਿਣਾ ਸੀਗਾ ਵੀ ਜਿਨ੍ਹਾਂ ਨੇ ਵੀ ਵੋਟ ਪਾਈ ਆ, ਹਨਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਐਂਡ ਆਫ ਦਾ ਡੇ ਜਿਹਨੂੰ ਮਰਜ਼ੀ ਪਾਓ, ਆਪਾਂ ਨੂੰ ਵੋਟ ਪਾਉਣੀ ਬਹੁਤ ਜ਼ਰੂਰੀ ਆ।
ਹੁਣ ਕਿਸੇ ਨੂੰ ਡੈਮੋਕ੍ਰੇਟਸ ਵਧੀਆ ਲੱਗਦੇ, ਕਿਸੇ ਨੂੰ ਰਿਪਬਲਿਕਨ ਵਧੀਆ ਲੱਗਦੇ। ਮੈਂ ਵੀ ਬਹੁਤ ਚਿਰ ਪਹਿਲਾਂ ਹੀ ਡੈਮੋਕ੍ਰੇਟਸ ਨੂੰ ਪਾਈ ਸੀਗੀ, ਤੇ ਹੁਣ ਤਾਂ ਵੋਟ ਅਸੀਂ ਕੈਲੀਫੋਰਨੀਆ ਦਾ ਹਾਲ ਦੇਖ ਕੇ ਪਾਈ ਆ। ਜਦੋਂ ਪਤਾ ਬਾਈ ਜੀ ਕਿਸੇ ਨੇ ਕੁਝ ਕਹਿਣਾ ਹੀ ਨਹੀਂ, ਹਨਾ, ਜਿਵੇਂ ਹੁਣ ਲੋਕ ਸਮਾਨ ਚੱਕ ਕੇ ਤੁਰ ਜਾਂਦੇ ਨੇ। ਆਪਣੇ ਇੰਡੀਆ 'ਚ ਹਲੇ ਹੱਸਦੇ ਹੁੰਦੇ ਨੇ ਵੀ ਬਾਹਰ ਤੱਕ ਦੁਕਾਨਾਂ ਕੱਢ ਲੈਂਦੇ ਨੇ, ਸੜਕਾਂ ਮੱਲੀਆਂ ਪਈਆਂ ਨੇ, ਇੱਥੇ ਸਟੋਰਾਂ ਦੇ ਵਿੱਚ ਵੀ ਵੱਡੇ ਵੱਡੇ ਜਿੰਦੇ ਲਾਏ ਹੋਏ ਨੇ, ਦੇਖ ਲਓ ਜੀ। ਤੇ ਆਪਣੇ ਮੁੜ ਕੇ ਸਕੂਲਾਂ ਦਾ ਦੇਖ ਲਓ ਜੀ, ਹੁਣ ਜਿਵੇਂ ਜਿਹੜੇ ਭੱਜੇ ਫਿਰਦੇ ਆ, ਜਵਾਕਾਂ ਕਰਕੇ ਭੱਜੇ ਫਿਰਦੇ ਆ, ਸਕੂਲਾਂ 'ਚ ਆਪਣੇ ਜਵਾਕਾਂ ਨੂੰ ਕਿੰਨਾ ਗੰਦ ਪੜ੍ਹਾ ਰਹੇ ਨੇ। ਬਹੁਤ ਬਾਈ ਜੀ ਇੱਥੇ ਲੋਕ ਨੇ ਜਿਨ੍ਹਾਂ ਕੋਲੇ ਚਲੋ ਵਧੀਆ ਉਹਨਾਂ ਜਿਨ੍ਹਾਂ ਦਾ ਕੰਮਕਾਰ ਸੈੱਟ ਆ। ਮੈਂ ਘੱਟੋ ਘੱਟ 8-10 ਫੈਮਲੀਆਂ ਨੂੰ ਜਾਣਦਾ ਜਿਨ੍ਹਾਂ ਨੇ ਆਪਦੇ ਜਵਾਕ ਹੋਮ ਸਕੂਲਿੰਗ ਤੇ ਲਾਏ ਨੇ, ਸਕੂਲ 'ਚ ਨਹੀਂ ਭੇਜ ਰਹੇ ਜਵਾਕਾਂ ਨੂੰ। ਇਹੀ ਕਾਰਨ, ਬਿਲਕੁਲ ਸਹੀ ਗੱਲ। ਤੇ ਆਪਣੇ ਲੋਕਲ ਬਿਜ਼ਨਸ ਦਾ ਦੇਖ ਲਓ ਬਾਈ ਜੀ ਹਾਲ। ਹੁਣ ਟਰੱਕਰ ਜਿਹੜੇ ਪਹਿਲਾਂ, ਚਲੋ ਮੈਂ ਵੀ ਟਰੱਕਿੰਗ 'ਚ ਰਿਹਾ 12 ਸਾਲ, ਹੁਣ ਟਰੱਕਰ ਜਿਹੜੇ ਅਸੀਂ ਸਾਰੀਆਂ ਸਟੇਟਾਂ 'ਚ ਜਾਂਦੇ ਰਹੇ ਆ, ਪਰ ਜਦੋਂ ਤੁਸੀਂ ਕੈਲੀਫੋਰਨੀਆ ਆ ਜਾਂਦੇ ਹੋ, LA ਜੇ ਲੋਡ ਲਾਉਣਾ ਪੈ ਜਾਵੇ, ਸੈਨ ਫਰਾਂਸਿਸਕੋ, ਬਿਪਤਾ ਪੈ ਜਾਂਦੀ ਆ। ਇੱਕ ਤਾਂ ਪਾਰਕ ਨਹੀਂ ਮਿਲਦੀ, ਸਟੇਟਾਂ ਤੇ ਲੀਗਲ ਉਹ ਸਾਈਨ ਲਾ ਦਿੰਦੇ ਨੇ ਵੀ ਤੁਸੀਂ ਪਾਰਕ ਨਹੀਂ ਕਰ ਸਕਦੇ, ਮੁੜ ਕੇ ਫਿਰ ਰੌਬ ਹੁੰਦੇ ਨੇ ਤੇ ਕਿੰਨਾ ਕੁਝ ਹੁੰਦਾ। ਗੋਲੀਆਂ ਚੱਲਦੀਆਂ, ਕਿੰਨੇ ਮੁੰਡੇ ਮਰੇ ਨੇ ਪਾਰਕਿੰਗ ਦੇ ਗਲਤ ਅਨਸੇਫ ਪਾਰਕਿੰਗ ਦੇ ਉੱਤੇ ਵਿਚਾਰਿਆਂ ਦੇ ਕਰਕੇ। ਸਾਰੇ ਰੈਸਟ ਏਰੀਏ ਬੰਦ ਨੇ, ਤੇ ਪਤਾ ਨਹੀਂ 2-2 4-4 ਸਾਲ ਹੋ ਗਏ ਉੱਥੇ ਇਹੋ ਜਿਹੀ ਕੰਸਟਰਕਸ਼ਨ ਚੱਲਦੀ ਆ ਜਿੱਥੇ ਕੋਈ ਬੰਦਾ ਦੀਦਾ ਨਹੀਂ, ਤੇ ਰੈਸਟ ਏਰੀਏ ਬੰਦ ਨੇ ਵੀ ਕੰਸਟਰਕਸ਼ਨ ਕਰਕੇ। ਸਾਡੇ ਘਰ ਦੇ ਮੇਰੇ ਚਾਚਾ ਗਏ ਸੀਗੇ, ਮੇਰੇ ਚਾਚੇ ਦਾ ਮੁੰਡਾ ਗਿਆ ਸੀਗਾ ਜੀ ਸੈਨ ਫਰਾਂਸਿਸਕੋ। ਉਹਦੇ ਕੋਲ ਨਵਾਂ ਉਹਨੇ ਰੈਮ ਦਾ ਟਰੱਕ ਲਿਆ ਸੀ, 10 ਮਿੰਟ ਬਾਅਦ ਉਹਦਾ ਟਰੱਕ ਕੋਈ ਭੰਨ ਕੇ ਸ਼ੀਸ਼ਾ ਭੰਨ ਕੇ ਲੈ ਗਿਆ ਚਾਚੀ। ਇਹ ਗੱਲ ਸਹੀ ਗੱਲ। ਉਹ ਕੁਦਰਤੀ ਉਹਦੇ ਵਿੱਚ ਜਿਹੜਾ ਟਰੈਕਿੰਗ ਸਿਸਟਮ ਆਉਂਦਾ ਉਹਦੇ ਨਾਲ ਲੱਭ ਗਿਆ, ਤੇ ਕੁਛ ਨੇ ਵਿੱਚ ਤੋੜ ਭੰਨ ਨਹੀਂ ਕਰੀ। ਪੁਲਿਸ ਵਾਲੇ ਕਹਿੰਦੇ ਇੱਥੇ ਜਿਹੜੇ ਹੁਣ ਟੀਨੇਜਰ ਵੀ ਕਰਨ ਲੱਗ ਗਏ, ਸ਼ੀਸ਼ਾ ਭੰਨ ਕੇ ਤੁਹਾਡਾ ਟਰੱਕ ਲੈ ਜਾਂਦੇ ਨੇ, ਜਾਂ ਗੱਡੀ ਜਿਹੜੀ ਵਧੀਆ ਲੱਗਦੀ ਆ ਤੇ ਗੇੜੇ ਗੂੜੇ ਕੱਢ ਕੇ ਲਾਟਾਂ 'ਚ ਛੱਡ ਜਾਂਦੇ ਨੇ। ਦੇਖ ਲਓ ਜੀ। ਸੋ ਇਹ ਹਾਲ ਆ ਜੀ ਹੁਣ। ਚਲੋ ਪਤਾ ਤਾਂ ਲੱਗ ਗਿਆ ਹੋਣਾ ਵੀ ਅਸੀਂ ਕਿਹਨੂੰ ਵੋਟ ਪਾਈ ਆ, ਪਰ ਸਰਪਲਸ ਸੀਗੀ ਬਾਈ ਜੀ, ਦੇਖ ਲਓ ਕੈਲੀਫੋਰਨੀਆ ਕੋਲ ਸਰਪਲਸ ਮਨੀ ਸੀ। ਹੁਣ ਪਰ ਤੁਹਾਡੇ ਏਰੀਆ 'ਚ ਭਾਜੀ 2 ਕਾਂਗਰਸ ਦੀਆਂ ਜਿਹੜੀਆਂ ਸੀਗੀਆਂ ਸੀਟਾਂ, ਉਹ ਵੀ ਬੜੀਆਂ ਇੰਪੋਰਟੈਂਟ ਸੀਗੀਆਂ। ਹੁਣ ਮੈਨੂੰ ਨਹੀਂ ਪਤਾ ਵੀ ਤੁਸੀਂ ਡੇਵਿਡ ਬਲਡਾਓ ਵਾਲੇ ਏਰੀਏ 'ਚ, ਜਿਮ ਕੋਸਟਾ ਦੇ, ਸੋ ਮੈਨੂੰ ਲੱਗਦਾ ਹੋਪਫੁਲੀ ਉਹਨਾਂ ਨੂੰ ਇੱਕ ਜਣੇ ਨੂੰ ਤਾਂ ਪਾਈ ਹੋਊਗੀ ਤੁਸੀਂ। ਨਹੀਂ ਪਾਈ ਹੈ ਜੀ, ਪਾਈ ਹੈ। ਬਲਾਕ 36 ਤੇ ਵੀ ਯੈਸ ਕੀਤਾ, ਸਾਰਿਆਂ ਨੂੰ ਕਹਿ ਕੇ ਯੈਸ ਕਰਾਇਆ ਜੀ। ਤੇ ਜਿੱਦਣ ਸਾਡੇ ਘਰੇ ਬੈਲਟ ਆਏ ਸੀਗੇ, ਸੇਮ ਡੇ ਜਾ ਕੇ ਪੋਸਟ, ਮੇਰਾ ਤੇ ਮੇਰੀ ਵਾਈਫ ਦਾ, ਅਸੀਂ ਦੋਨੇ ਜਾਣੇ ਜਾ ਕੇ ਡ੍ਰੌਪ ਬਾਕਸ ਵਿੱਚ ਬੈਲਟ ਸੇਮ ਡੇ ਪਾ ਕੇ ਆਏ ਆ। ਚਲੋ ਰਹਿ ਨਾ ਜਾਵੇ। ਚਲੋ ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਥੈਂਕ ਯੂ ਬਾਈ। ਓਹਾਇਓ ਦੀ ਰਾਜਕਰਵੀਰ ਸਿੰਘ ਜੀ, ਓਹਾਇਓ ਦੀ ਜਿਹੜੀ ਸੈਨੇਟ ਸੀਟ ਆ ਉਹ ਰਿਪਬਲਿਕਨ ਲੈ ਗਏ ਆ। ਬਰਨੀ ਮਰੀਨੋ ਉਹਨਾਂ ਨੇ ਸੈਨੇਟਰ ਸ਼ੈਰਡ ਬਰਾਊਨ ਜਿਹੜੇ ਆ ਉਹਨਾਂ ਨੂੰ ਹਰਾ ਦਿੱਤਾ ਆ। ਇਨਕੰਬੈਂਟ ਸੀਗੇ ਉਹ। ਜੀ 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 ਬਿਲਕੁਲ। ਇਸੇ ਤਰ੍ਹਾਂ ਮੋਨਿਕਾ ਡੀਲਾ ਕਰੂਜ਼, ਇਹ ਟੈਕਸਸ ਦੀ ਜਿਹੜੀ ਕਾਂਗਰਸ ਦੀ ਸੀਟ ਆ, ਇਹ ਰਿਪਬਲਿਕਨ ਹੈਗੇ ਆ। ਇਹ ਉਹਨਾਂ ਨੇ ਸੀਟ ਆਪਣੀ ਰੀਟੇਨ ਕਰ ਲਈ ਹੈਗੀ ਆ। ਟੈਕਸਸ ਦੇ ਸਾਨੂੰ ਸੈਨੇਟ ਦੀ ਰੇਸ ਦਾ ਪੁੱਛਦੇ ਸੀ ਟੈਡ ਕਰੂਜ਼ ਦਾ। ਟੈਡ ਕਰੂਜ਼ ਇਸ ਟਾਈਮ ਜਿਹੜੇ ਆਪਣੇ ਉਹਨਾਂ ਦੇ ਆਪੋਜੀਸ਼ਨ ਵਾਲੇ ਆ, ਕੋਲਿਨ ਐਲਫਰਡ ਤੋਂ ਤਕਰੀਬਨ 9 ਲੱਖ ਵੋਟ ਦੇ ਨਾਲ ਅੱਗੇ ਆ। 5 ਮਿਲੀਅਨ ਵੋਟ ਉਹਨਾਂ ਨੂੰ ਪੈ ਚੁੱਕੀ ਹੈ, 53.8%। ਤੇ ਜਿਹੜੇ ਕੋਲਿਨ ਐਲਫਰਡ ਆ ਉਹ 44.2, 4.1 ਮਿਲੀਅਨ ਦੇ ਨਾਲ ਦੂਜੇ ਨੰਬਰ ਦੇ ਉੱਤੇ ਪਿੱਛੇ ਜਿਹੜੇ ਉਹ ਚੱਲ ਰਹੇ ਆ। ਉਧਰ ਜਿਹੜੀ ਸਟੈਫਨਿਕ ਆ, ਇਹ ਵੀ ਰਿਪਬਲਿਕਨ ਪਾਰਟੀ ਦੀ ਬੜੀ ਫਾਇਰ ਬ੍ਰਾਂਡ ਬੋਲਣ ਵਾਲੀ ਆ। ਉਸਨੇ ਆਪਣੀ ਜਿਹੜੀ ਡੈਮੋਕ੍ਰੇਟ ਓਪੋਨੈਂਟ ਆ ਪੌਲਾ ਕੋਲਿਨਸ ਆ, ਉਸ ਨੂੰ ਜਿਹੜਾ ਉਹ ਹਰਾ ਦਿੱਤਾ ਹੈ ਨਿਊਯਾਰਕ ਦੀ 21ਵੀਂ ਜਿਹੜੀ ਕੰਗਰੈਸ਼ਨਲ ਡਿਸਟ੍ਰਿਕਟ 'ਚ। ਨਿਊਯਾਰਕ ਦੇ ਵਿੱਚ ਡੈਮੋਕ੍ਰੇਟ ਪੈਟ ਰਾਇਨ ਆ, ਉਹਨਾਂ ਨੇ ਆਪਣੀ ਰੀ ਇਲੈਕਸ਼ਨ ਜਿਹੜੀ 18ਵੀਂ ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਜਿਹੜੀ ਉਹ ਜਿੱਤ ਲਈ ਹੈਗੀ ਆ। ਤਕਰੀਬਨ 60% ਉਹਨਾਂ ਨੂੰ ਵੋਟ ਮਿਲੀ ਆ। ਸੈਨੇਟਰ ਜੋਸ਼ ਹੌਲੀ ਮਜ਼ੂਰੀ ਦੇ ਜਿਹੜੇ ਰਿਪਬਲਿਕਨ ਆ, ਉਹ ਜਿੱਤਦੇ ਹੋਏ ਆਪਣੀ ਦੂਜੀ ਟਰਮ ਵੱਲ ਨੂੰ ਜਿਹੜਾ ਉਹ ਵੱਧਦੇ ਜਿਹੜੇ ਉਹ ਨਜ਼ਰ ਆ ਰਹੇ ਆ। ਉਧਰ ਜਿਹੜੇ ਰਿਪਰੈਜ਼ੈਂਟੇਟਿਵ ਜਿਮ ਕਲਾਈਬਰਨ ਹੈਗੇ ਆ, ਉਹਨਾਂ ਨੇ ਸਾਊਥ ਕੈਰੋਲੀਨਾ ਦੇ ਵਿੱਚ ਆਪਣੀ 6ਵੀਂ ਕਾਂਗਰੈਸ਼ਨਲ ਡਿਸਟ੍ਰਿਕਟ ਦੀ ਜਿਹੜੀ ਰੇਸ ਆ ਉਹ ਜਿੱਤ ਲਈ ਹੈਗੀ ਆ। ਰਿਪਬਲਿਕਨ ਚੈਲੰਜਰ ਡਿਊਕ ਬਕਰ ਆ, ਉਹਨਾਂ ਨੇ ਉੱਥੇ ਹਰਾ ਦਿੱਤਾ ਹੈਗਾ ਆ। ਆਪਣੇ ਹਰਵਿੰਦਰ ਜੀ ਆਪਣੇ ਹਾਂਜੀ ਜੀ ਬੋਲੋ ਜੀ। ਜੀ ਇਹਦੇ ਨਾਲ ਇਹ ਦੇਖੀਏ ਕਿ ਸੈਨੇਟ ਦੀ ਆਪਾਂ ਅਕਾਊਂਟ ਦੀ ਗੱਲ ਕਰੀਏ ਤੇ ਰਿਪਬਲਿਕਨ ਪਾਰਟੀ ਕੋ 48 ਸੀਟਾਂ ਇਸ ਟਾਈਮ ਦਿੱਤੇ ਆ, ਤੇ 50 ਸੀਟਾਂ ਦੇ ਲਈ ਮੈਜੋਰਟੀ ਚਾਹੀਦੀ। ਸਿਰਫ 2 ਸੀਟਾਂ ਉਹਨਾਂ ਕੋਲ ਘੱਟ ਆ ਮੈਜੋਰਟੀ ਦੇ ਵਾਸਤੇ ਜੀ। ਸੋ 48 ਦੇ ਅੰਕੜਾ ਉੱਥੇ ਪਹੁੰਚ ਚੁੱਕੇ। ਕਈ ਸਰੋਤੇ ਪੁੱਛ ਰਹੇ ਆ ਵੀ ਲੇਟੈਸਟ ਰਿਜ਼ਲਟ ਕੀ ਆ, ਦੱਸਦੇ ਜਾਈਏ। ਬਹੁਤ ਜਲਦੀ ਇਹ ਚੇਂਜ ਹੋਣੇ, ਕਿਉਂਕਿ ਹੁਣੇ ਕੈਲੀਫੋਰਨੀਆ ਦੇ ਰਿਜ਼ਲਟ ਕਾਊਂਟ ਹੋਣੇ ਸ਼ੁਰੂ ਹੋ ਜਾਣੇ ਆ। 210 ਇਲੈਕਟੋਰਲ ਵੋਟਸ ਟਰੰਪ ਉਹਨਾਂ ਦੇ ਕੋਲ ਆ। 50,55,393 ਵੋਟਾਂ ਆ। ਕਮਲਾ ਹੈਰਿਸ ਉਹਨਾਂ ਨੇ ਕੈਲੀਫੋਰਨੀਆ ਕਮਲਾ ਹੈਰਿਸ ਨੂੰ, ਤੇ ਵਾਸ਼ਿੰਗਟਨ ਵੀ ਕਮਲਾ ਹੈਰਿਸ ਨੂੰ ਦੇ ਦਿੱਤਾ ਆ। ਸੋ 2,214 ਇਲੈਕਟੋਰਲ ਵੋਟਸ ਟਰੰਪ ਉਹਨਾਂ ਕੋਲ ਆ, 179 ਕਮਲਾ ਹੈਰਿਸ ਕੋਲ ਆ,
ਵਾਸ਼ਿੰਗਟਨ ਸਟੇਟ ਤੇ ਕੈਲੀਫੋਰਨੀਆ ਤੇ ਕੋਲੋਰਾਡੋ ਸਟੇਟ ਇਹ ਕਮਲਾ ਹੈਰਿਸ ਨੂੰ ਦੇ ਦਿੱਤੀ ਗਈ ਹੈਗੀ। ਤੁਸੀਂ ਦੇਖ ਲਓ ਵੀ 8 ਵਜੇ ਉਹਨਾਂ ਨੇ ਐਗਜ਼ੈਕਟਲੀ ਪਹਿਲੋਂ ਮੈਸੇਜ ਲਿਖ ਕੇ ਰੱਖਿਆ ਸੀਗਾ ਵੀ ਕਮਲਾ ਹੈਰਿਸ ਵਿਨਸ ਕੈਲੀਫੋਰਨੀਆ ਤੇ ਕਮਲਾ ਹੈਰਿਸ ਵਿਨਸ ਵਾਸ਼ਿੰਗਟਨ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਡੀਪ ਬਲੂ ਜਿਹੜੀਆਂ ਉਹ ਸਟੇਟਸ ਹੈਗੀਆਂ। ਆਈਡਾਹੋ ਦੇ ਵਿੱਚ ਟਰੰਪ ਹੁਣੀ ਉਹਨਾਂ ਦੀ ਜਿਹੜੀ ਉਹ ਜਿੱਤ ਉੱਥੇ ਹੋ ਚੁੱਕੀ ਹੈਗੀ ਆ, ਸੋ ਉਹ ਵੀ ਉੱਥੇ ਨਾਲ ਦੇ ਨਾਲ ਹੀ ਜਿੱਦਾਂ ਹੀ 8 ਵਜੇ ਇਹ 3 ਸਟੇਟਾਂ ਦੇ ਹੋਇਆ ਆ, ਨਾਲ ਦੇ ਨਾਲ ਕਰਤਾ ਆ। ਔਰੇਗਨ ਨੂੰ ਅਜੇ ਉਹਨਾਂ ਨੇ ਐਲਾਨਿਆ ਨਹੀਂ ਹੈਗਾ, ਸੋ ਇਹ ਜਿਹੜਾ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ ਵੀ ਉੱਥੇ ਕੀ ਹੈ। ਪਰ ਹਾਲ ਦੀ ਘੜੀ ਕਮਲਾ ਹੈਰਿਸ ਔਰੇਗਨ ਦੇ ਵਿੱਚ 2000 ਵੋਟ ਦੇ ਨਾਲ ਲੀਡ ਕਰ ਰਹੀ ਆ। ਅਜੇ ਸਿਰਫ ਸ਼ੁਰੂਆਤ ਹੀ ਹੋਈ ਆ ਜਿਹੜੀ ਇਸ ਦੇ ਵਿੱਚ ਕਾਊਂਟਿੰਗ ਦੀ। ਆਪਣੇ ਨਾਲ ਅਗਲੇ ਕਾਲਰ ਹਰਵਿੰਦਰ ਜੁੜੇ ਨੇ, ਇੰਦਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂ ਇਹ ਦੱਸਣਾ ਹੈ ਕਿ ਟਰੰਪ ਨੇ ਇੱਕ ਤਾਂ ਲੜਾਈਆਂ ਦੇਖੋ ਦੁਨੀਆ 'ਚ ਪੀਸ ਰੱਖਣ ਲਈ ਪਹਿਲੇ ਪਤਾ ਕਰਕੇ ਕਿ ਪੈਸੇ ਦੇਵਾਂਗੇ ਤੇ ਚੌਲ ਬਣਨੀ, ਨਹੀਂ, ਉਹ ਬੰਦੇ ਨੇ ਆਪਣੀ ਗੱਲ ਨੂੰ ਮਨਾਉਣ ਦੇ ਤਰੀਕੇ ਨਾਲ ਗੱਲ ਕੀਤੀ ਕਿ ਅਸੀਂ ਆਹ ਕਰਾਂਗੇ ਜਦੋਂ ਕੀਤਾ। ਦੂਜਾ ਇਹ ਸੀ ਕਿ ਟਰੰਪ ਨੇ ਦੇਖੋ ਫਾਈਟ ਇੱਥੇ ਕੀਤੀ, ਬਿਗ ਫਰਮਾ ਉਹਦੇ ਖਿਲਾਫ ਆ, ਬਿਗ ਟੈਕ ਉਹਦੇ ਖਿਲਾਫ ਆ, ਜਿਹੜੀ ਕੋਈ ਇੰਡਸਟਰੀ ਸਾਰੀ ਜਿੱਦਾਂ ਹੁਣ ਜਿਹੜੀਆਂ ਯੂਨੀਅਨ ਟੀਚਰ ਯੂਨੀਅਨ ਕੈਲੀਫੋਰਨੀਆ ਸਭ ਤੋਂ ਬੜੀ ਆ, ਹੋਰ ਜਿਹੜੇ ਯੂਨੀਅਨ ਸਾਰੇ ਉਹਨਾਂ ਖਿਲਾਫ ਚੱਲਦੀ। ਪਰ ਜਦੋਂ ਹੁਣ ਦੇਖੋ ਇੱਕ ਬੰਦਾ ਇਕੱਲਾ ਲੜਨਾ ਤਾਂ ਨਾਲ ਹੋਣੀ ਐਕਚੁਅਲੀ ਟਰੰਪ ਦੀ ਟੀਮ ਹੈ, ਜਿਹਦੇ ਐਲਾਨ ਮਸਕ ਵੀ ਆ, RFK ਵੀ ਆ, ਤੇ ਹੋਰ ਵੀ ਦੋ ਤਿੰਨ ਚੰਗੇ ਜਿਹੇ ਨਾਲ ਹੁਣ ਲਏ ਆ। ਇਹ ਹੈ ਕਿ ਲੋਕਾਂ 'ਚ ਕਾਫੀ ਉਹ ਚੀਜ਼ ਦਾ ਉਹਨੂੰ ਵੋਟ ਪਾਉਣ ਦਾ ਹੈਗਾ। ਦੂਜਾ ਟਰੰਪ ਜਿੱਦਾਂ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਪੰਜਾਬ ਲੁੱਟ ਕੇ ਖਾ ਲਿਆ, ਏਦਾਂ ਡੈਮੋਕ੍ਰੇਟਾਂ ਨੇ ਕੈਲੀਫੋਰਨੀਆ ਲੁੱਟ ਕੇ ਖਾ ਲਿਆ। ਇਸ ਕਰਕੇ ਲੋਕੀ ਸਦੇ ਪਏ ਆ। ਤੇ ਮੈਨੂੰ ਜਦੋਂ ਦੇ ਦਿੱਤੀ ਨਾ ਕਮਲਾ ਹੈਰਿਸ ਨੂੰ, ਕੈਲੀਫੋਰਨੀਆ 'ਚ ਬੇਈਮਾਨੀ ਵੱਡੇ ਲੈਵਲ ਦੀ ਕਰਦੇ, ਵੋਟ ਫਰੋਡ ਤਾਂ 1992 ਦੇ ਕਰ ਸਕਦੇ ਆ। ਮੇਰੇ ਕਦੀ ਵੀ ਨਹੀਂ ਤਾਂ ਹੋ ਸਕਦਾ ਕਿ ਕੋਈ ਜਿੱਤੇ ਨਾ ਹੋਰ ਇੱਥੇ ਬੰਦਾ ਸਿਰਫ ਡੈਮੋਕ੍ਰੇਟ ਜਿੱਤੀਆਂ। ਇਹ ਫਰੋਡ ਕਦੋਂ ਕਰਦੇ ਕਹਿ ਲਓ, ਉਹ ਪਲਾਨ ਇਹਨਾਂ ਨੇ ਸਾਰੇ ਮੁੱਖ ਚਲਾਤਾ 2020 'ਚ ਫਰੋਡ ਕੇ। ਵਿਸਕਾਂਸਨ ਦੀ ਕੋਈ ਗੱਲ ਕਰਦੀ, ਵਿਸਕਾਂਸਨ 20,000 ਵੋਟਾਂ 'ਚ ਜਿੱਤਿਆ ਸੀ ਬਾਈਡਨ। ਇਹਨਾਂ ਨੇ 1.5 ਲੱਖ ਦਾ ਇੱਕ ਡੱਬਾ ਅਖੀਰ ਤੇ ਜਾ ਕੇ ਤੜਕੇ 4 ਵਜੇ ਗਿਣਨਾ ਸ਼ੁਰੂ ਕੀਤਾ ਸੀ ਲਿਆ ਕੇ, ਉਹ ਵੀ ਸੀਕਰਟ ਕਿਹਨਾਂ ਆਇਆ ਸੀਗਾ, ਸਾਰੀਆਂ ਫੇਕ ਵੋਟਾਂ ਸੀ। ਟਰੰਪ ਹਾਰਿਆ ਨਹੀਂ ਸੀ ਵਿਸਕਾਂਸਨ ਚੋਂ, ਵਿੱਚੋਂ ਟਰੰਪ ਜਿੱਤਿਆ ਸੀ, ਪਰ ਇਹਨਾਂ ਨੇ 1.5 ਲੱਖ ਫੇਕ ਵੋਟ ਜਿਹੜੀ ਸੀ ਵਿੱਚ। ਚਲੋ ਹੁਣ ਜੋ ਹੋ ਗਿਆ, ਐਤਕੀ ਵੀ ਇਹਨਾਂ ਨੇ ਬਹੁਤ ਕੁਝ ਕਰਨਾ, ਚਲੋ ਰੱਬ ਸੁੱਖ ਰੱਖੇ। ਇਹਨਾਂ ਦੀ ਬਹੁਤ ਹੀ ਚਲਾਨੀ ਨੇ ਲੋਕੀ, ਜਿਹੜੇ ਆਮ ਲੋਕ ਆ, ਅਮਰੀਕਨ ਲੋਕ ਆ, ਉਹ ਸਾਰੇ ਵੋਟਾਂ ਟਰੰਪ ਨੂੰ ਪਾ ਰਹੇ ਆ। ਪਰ ਇਹਨਾਂ ਨੇ ਫੇਕ ਵੋਟਾਂ ਹਾਲੇ ਉਰਾ ਕਰਕੇ ਕਰ ਲੈਣਾ ਕਮਲਾ ਨੂੰ ਲਾਗੇ ਤਾਗੇ, ਇਹ ਆਉਣੀ ਨਹੀਂ ਸੀ। ਪਰ ਫੇਰ ਵੀ ਆ ਜਿੱਦਾਂ ਕੈਲੀਫੋਰਨੀਆ 'ਚ ਫਰੋਡ ਕਰੀ ਜਾਂਦੇ ਆ, ਵਾਸ਼ਿੰਗਟਨ 'ਚ ਫਰੋਡ ਕਰੀ ਜਾਂਦੇ, ਕਦੀ ਇਹ ਫਰੋਡਾਂ 'ਚ ਸਹੀ ਆ ਜਿੱਤ ਇੰਨੀ ਗੱਲ ਸੀ। ਬਾਕੀ ਅਸੀਂ ਵੋਟਾਂ ਪਾ ਕੇ ਸਤਿਗੁਰ ਕਿਰਪਾ ਕਰਨ ਜੀ, ਟਰੰਪ ਵੀ ਵਾਜੇ ਅਮਰੀਕਾ ਵਾਜਣ ਨੇ ਤਾਂ ਕਹਾ ਫਿਊਚਰ ਹੋਣਾ ਅਮਰੀਕਾ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਏਦਾਂ ਹੁੰਦੇ ਆ ਕੱਟੜ ਸਪੋਰਟਰ ਜਿਹੜੇ ਹੁੰਦੇ ਆ ਨਾ ਕਿ ਨਹੀਂ। ਜੀ, ਨਾਲ ਦੇ ਨਾਲ ਇਹ ਵੀ ਦੇਖੀਏ ਜਿੱਦਾਂ ਉਹਨਾਂ ਹੁਣੇ ਗੱਲ ਕੀਤੀ ਹਰਜੋਤ ਜੀ ਤੇ ਰਾਜਕਰਨ, ਕਿ ਆਪਾਂ ਹੁਣ ਕਿਉਂਕਿ ਵੈਸਟ ਕੋਸਟ ਦੀਆਂ ਵੀ ਵੋਟਾਂ ਜਿਹੜੀਆਂ ਆਲਮੋਸਟ ਗਿਣ ਹੋਈਆਂ, ਵਾਸ਼ਿੰਗਟਨ ਸਟੇਟ ਦੀ ਗੱਲ ਕੀਤੀ, ਕੈਲੀਫੋਰਨੀਆ ਦੀ ਗੱਲ ਕੀਤੀ, ਔਰੇਗਨ ਦੇ ਵਿੱਚ ਵੀ ਜਿਹੜੀ 44% ਰਿਪੋਰਟਿੰਗ ਦੇ ਵਿੱਚ ਕਮਲਾ ਹੈਰਿਸ ਉੱਤੇ ਜਾ ਰਹੇ, ਮੋਸਟ ਲਾਈਕਲੀ ਉਹ ਵੀ ਡੈਮੋਕ੍ਰੇਟ ਨੂੰ ਚਲੇ ਜਾਏਗੀ। ਪਰ ਆਪਾਂ ਕੀ ਸਟੇਟਸ ਦੀ ਗੱਲ ਕਰਦੇ ਹਾਂ ਜਿਨ੍ਹਾਂ ਵਿੱਚ ਪੈਨਸਿਲਵੇਨੀਆ, ਮਿਸ਼ੀਗਨ, ਵਿਸਕੌਨਸਨ, ਐਰੀਜ਼ੋਨਾ ਤੇ ਜਾਰਜੀਆ, ਹਨਾ। ਤੇ ਇਹ ਕੀ ਰੇਸਿਸ ਆ, ਤੇ ਇਹਨਾਂ ਸਾਰਿਆਂ ਦੇ ਵਿੱਚ ਜਿਨ੍ਹਾਂ ਤੇ ਹੁਣੇ ਮੈਂ ਨਾਂ ਲਏ ਆ, ਉਹਨਾਂ ਵਿੱਚ ਡੋਨਾਲਡ ਟਰੰਪ ਜਿਹੜੇ ਆ ਉਹ ਅੱਗੇ ਜਾ ਰਹੇ ਆ। ਸੋ ਇਹ ਕੀ ਸਟੇਟਸ ਜਿਹੜੀਆਂ ਇਹਨਾਂ ਦੇ ਵਿੱਚ ਜੋ ਸੋ ਫਾਰ ਜੋ ਦੇਖਣ ਨੂੰ ਰਿਜ਼ਲਟ ਦੇਖਣ ਨੂੰ ਮਿਲ ਰਹੇ ਆ, ਉਹਦੇ ਵਿੱਚ ਇਹ ਲੱਗਦਾ ਕਿ ਸ਼ਾਇਦ ਜਿੱਦਾਂ ਪਹਿਲਾਂ ਕਹਿੰਦੇ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ, ਕੰਮ ਤਾਂ ਉਧਰ ਨਹੀਂ ਚੱਲਦਾ ਦੇਖਦਾ। ਪਰ ਬੜਾ ਘੱਟ ਫਰਕ ਆ, ਦੇਖੋ ਜੀ, ਬਹੁਤ ਘੱਟ ਫਰਕ ਜੀ। ਐਰੀਜ਼ੋਨਾ ਦਾ ਜੇ ਦੱਸਦੇ ਜਾਈਏ ਕੀ ਰੇਸ ਹੈਗੀ ਆ ਇਸ ਟਾਈਮ, 11 ਉਹਨਾਂ ਦੇ ਇਲੈਕਟੋਰਲ ਵੋਟਸ ਆ। ਡੋਨਾਲਡ ਟਰੰਪ ਉਹਨਾਂ ਦੇ ਕੋਲ 9,04,351 ਆ, ਤੇ ਕਮਲਾ ਹੈਰਿਸ ਉਹਨਾਂ ਦੇ ਕੋਲ 9,01,995 ਆ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਬਹੁਤ ਘੱਟ ਜਿਹੜਾ ਫਰਕ ਹੈਗਾ ਆ। ਨਵਾਡਾ ਸਟੇਟ ਦੇ ਰਿਜ਼ਲਟ ਹਜੇ ਆਏ ਨਹੀਂ ਹੈਗੇ, ਤੇ ਇਸੇ ਤਰ੍ਹਾਂ ਮਿਨੇਸੋਟਾ ਦੇ ਵਿੱਚ ਸਿਰਫ 12% ਰਿਪੋਰਟਿੰਗ ਹੋਈ ਆ, ਉੱਥੇ ਡੋਨਾਲਡ ਟਰੰਪ ਹੁਣੀ ਅੱਗੇ ਜਾ ਰਹੇ ਆ। ਤੇ ਵਿਸਕੌਨਸਨ ਜਿਹੜੀ ਬਹੁਤ ਕੀ ਰੇਸ ਹੈਗੀ ਆ, ਜਿੱਥੇ 61% ਰਿਪੋਰਟਿੰਗ ਹੋਈ ਆ, 10 ਇਲੈਕਟੋਰਲ ਵੋਟਸ ਉੱਥੇ ਦੀਆਂ ਆ, ਤੇ ਹੁਣ ਤੱਕ 50,000 ਵੋਟ ਦਾ ਫਰਕ ਆ ਜੀ, ਸਿਰਫ ਡੋਨਾਲਡ ਟਰੰਪ 50,000 ਵੋਟ ਨਾਲ ਲੀਡ ਕਰ ਰਿਹਾ ਉੱਥੇ ਜੀ। ਤੇ ਮਿਸ਼ੀਗਨ ਦੇ ਵਿੱਚ ਹੁਣ ਟਰੰਪ ਹੁਣੀ ਉੱਪਰ ਚਲੇ ਗਏ ਆ, 28% ਰਿਪੋਰਟਿੰਗ ਹੋਈ ਆ, ਤੇ ਉੱਥੇ ਲਗਭਗ 60-70,000 ਵੋਟ ਦਾ ਫਰਕ ਹੈਗਾ ਜੀ। ਪੈਨਸਿਲਵੇਨੀਆ ਦੇ ਵਿੱਚ ਵੀ ਟਰੰਪ 2 ਲੱਖ ਵੋਟ ਦੇ ਨਾਲ ਅੱਗੇ ਚੱਲ ਰਹੇ ਆ। ਨਾਰਥ ਕੈਰੋਲੀਨਾ ਦੇ ਵਿੱਚ ਤਕਰੀਬਨ 1.5 ਲੱਖ ਵੋਟ ਦੇ ਨਾਲ ਅੱਗੇ ਚੱਲ ਰਹੇ ਆ। ਕਮਲਾ ਹੈਰਿਸ ਵਰਜੀਨੀਆ ਦੇ ਵਿੱਚ
60,000 ਵੋਟ ਦੇ ਨਾਲ ਅੱਗੇ ਜਿਹੜੀ ਚੱਲ ਰਹੀ ਹੈ। ਜਾਰਜੀਆ ਦੇ ਵਿੱਚ ਡੋਨਲਡ ਟਰੰਪ ਉਹ ਜਿਹੜੀ ਆ 1 ਲੱਖ 1.25 ਲੱਖ ਵੋਟ ਦੇ ਨਾਲ ਜਿਹੜਾ ਆ ਉਹ ਉੱਥੇ ਅੱਗੇ ਚੱਲ ਰਹੇ ਆ। ਐਰੀਜ਼ੋਨਾ 90% ਰਿਪੋਰਟਿੰਗ ਹੋ ਗਈ ਜਾਰਜੀਆ ਦੀ, ਪਰ ਉਹ 2 ਲੱਖ ਅਜੇ ਕਾਊਂਟ ਹੋਣੀਆਂ ਸ਼ੁਰੂ ਹੋਣੀਆਂ ਫਿਰ ਉਸ ਤੋਂ ਬਾਅਦ। ਨਿਊ ਮੈਕਸੀਕੋ ਦੇ ਵਿੱਚ ਕਮਲਾ ਹੈਰਿਸ ਜਿਹੜੀ ਆ ਉਹ ਲੀਡ ਜਿਹੜੀ ਉਹ ਕਰ ਰਹੀ ਆ ਤਕਰੀਬਨ 7 ਪੁਆਇੰਟਾਂ ਦੇ ਨਾਲ। ਐਰੀਜ਼ੋਨਾ ਦੇ ਵਿੱਚ ਬਿਲਕੁਲ ਹੀ ਕੜਾ ਮੁਕਾਬਲਾ 0.2% ਦੇ ਨਾਲ ਡੋਨਲਡ ਟਰੰਪ ਜਿਹੜੇ ਉਹ ਅੱਗੇ ਆ, ਸਿਰਫ 2000 ਵੋਟ ਦੇ ਫਰਕ ਦੇ ਨਾਲ ਉਹ ਇਸ ਟਾਈਮ ਐਰੀਜ਼ੋਨਾ ਦੇ ਵਿੱਚ ਲੀਡ ਕਰ ਰਹੇ ਆ। ਐਰੀਜ਼ੋਨਾ ਦੇ ਵਿੱਚ ਰਿਪੋਰਟਿੰਗ ਹੋਈ ਆ, ਹਾਂਜੀ ਉੱਥੇ 50% ਰਿਪੋਰਟਿੰਗ ਹੋਈ ਆ ਐਰੀਜ਼ੋਨਾ ਦੇ ਵਿੱਚ ਜਿਹੜਾ ਉਹ ਜਿਹੜੀ ਉਹ ਚੀਜ਼ ਚੱਲ ਰਹੀ ਆ। ਸੋ ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਦਾਂ ਜਿੱਦਾਂ ਇੰਦਰਜੀਤ ਵੀਰ ਜੀ ਵੀ ਕਹਿ ਕੇ ਗਏ ਸੀਗੇ, ਹੁਣ ਜਿਹੜਾ ਟੈਕਸਸ ਸ਼ੁਰੂ ਤੋਂ ਹੀ ਰੈੱਡ ਆ, ਹੁਣ ਉਹ ਡੈਮੋਕ੍ਰੇਟ ਵੀ ਆ ਕੇ ਕਹਿਣ ਲੱਗ ਜਾਣਗੇ ਨਹੀਂ ਜੀ ਉੱਥੇ ਵੀ ਧਾਂਦਲੀ ਹੁੰਦੀ ਆ, ਏਦਾਂ ਨਹੀਂ। ਠੀਕ ਆ, ਤੁਹਾਡਾ ਸ਼ੱਕ ਹੋ ਸਕਦਾ ਹੈ, ਉਦਾਂ ਹੋ ਸਕਦਾ। ਸੋ ਏਦਾਂ ਆਪਾਂ ਇਹ ਵੀ ਨਾ ਕਹੀਏ ਵੀ ਜੇ ਆਪਣਾ ਬੰਦਾ ਜਿੱਤੇ ਤਾਂ ਹੀ ਠੀਕ ਆ, ਤੇ ਜੇ ਦੂਜਾ ਹਾਰੇ ਤਾਂ ਫਿਰ ਜੇ ਦੂਜਾ ਜਿੱਤੇ ਤਾਂ ਫਿਰ ਇਹ ਗਲਤ ਆ। ਉਸੇ ਹੀ ਬੈਲਟ ਦੇ ਉੱਤੇ ਕਈ ਤੁਹਾਡੇ ਬੰਦੇ ਦੂਜੇ ਵੀ ਜਿੱਤੇ ਹੁੰਦੇ ਆ, ਕਈ ਜਿਹੜੇ ਆ ਦੂਜੇ ਜਿਹੜੇ ਉਹ ਤੁਹਾਡੇ ਜਿਹੜੇ ਉਹ ਹਾਰੇ ਹੁੰਦੇ ਆ। ਸੋ ਇਹ ਨਾਲ ਹੀ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਚੱਲਦਾ ਆ। ਸੋ ਮਿਸ਼ੀਗਨ ਪੈਨਸਿਲਵੇਨੀਆ ਨੂੰ ਲੈ ਕੇ ਅਜੇ ਤੱਕ ਐਸੋਸੀਏਟ ਪ੍ਰੈਸ ਜੋ ਕਿ ਪਿਛਲੇ 150 ਸਾਲ ਤੋਂ ਹਰਵਿੰਦਰ ਜਿਹੜਾ ਉਹ ਦੱਸਦੇ ਆ ਰਹੇ ਆ, ਡਿਸੀਜਨ ਦਿੰਦੇ ਆ ਰਹੇ ਆ ਵੀ ਕਿਹਦੇ ਲਈ ਕਾਲ ਕਰਨੀ ਆ, ਉਹਨਾਂ ਨੇ ਵੀ ਅਜੇ ਤੱਕ ਬਿਲਕੁਲ ਵੀ ਕਾਲ ਨਹੀਂ ਕੀਤਾ। ਸੋ 15,000 ਵੋਟ ਦੀ ਲੀਡ ਦੇ ਨਾਲ ਮਿਸ਼ੀਗਨ ਦੇ ਵਿੱਚ ਜਿਹੜੇ ਐਸੋਸੀਏਟ ਪ੍ਰੈਸ ਵਾਲੇ ਉਹ ਕਹਿ ਰਹੇ ਆ ਵੀ ਉਹਨਾਂ ਦੇ ਕੋਲ ਇੰਨੀਆਂ ਜਿਹੜੀਆਂ ਹੈਗੀਆਂ ਆ। ਵੇਨ ਕਾਉਂਟੀ ਜਿਹੜਾ ਕਿ ਡੈਮੋਕ੍ਰੇਟ ਪਾਰਟੀ ਦਾ ਇੱਕ ਸਟਰੋਂਗ ਹੋਲਡ ਆ, ਜਿੱਥੇ 9 ਲੱਖ ਵੋਟ ਪਿਛਲੀ ਵਾਰੀ 2020 ਦੇ ਵਿੱਚ ਪਈ ਸੀ। ਬਾਈਡਨ ਹੋਣਾ ਨੇ ਮਿਸ਼ੀਗਨ ਨੂੰ ਜਿਹੜਾ ਉਹ ਜਿੱਤਿਆ ਸੀਗਾ, ਤੇ ਟਰੰਪ ਹੋਣਾ ਨੇ ਕ੍ਰੈਕ ਕੀਤੀ ਸੀ ਇਹ ਜਿਹੜੀ ਬਲੂ ਵਾਲ ਪੈਨਸਿਲਵੇਨੀਆ ਤੇ ਵਿਸਕੌਨਸਨ ਦੇ ਨਾਲ। ਸੋ ਦੇਖਦੇ ਆ ਇੱਥੇ ਇਸ ਵਾਰ ਕੀ ਬਣਦਾ। ਉਹੀ ਜਿਹੜੀਆਂ 7 ਸਟੇਟ ਨੇ ਉਹਨਾਂ ਦੇ ਵਿੱਚ ਅਜੇ ਬਿਲਕੁਲ ਜਿਹੜਾ ਕੋਈ ਸਪਸ਼ਟਤਾ ਦੇ ਨਾਲ ਨਹੀਂ ਦੱਸਿਆ ਜਾ ਸਕਦਾ ਇਹ 93 ਦੇ ਵਿੱਚ ਕੀ ਜਿਹੜਾ ਇਸ ਦੇ ਵਿੱਚ ਬਣਨਾ ਹੈਗਾ। ਕੁਝ ਹੋਰ ਕਾਲਰ ਨੇ, ਆਪਾਂ ਉਹਨਾਂ ਦੇ ਵੀ ਵਿਚਾਰ ਸੁਣਦੇ ਆ। ਅਮਰਜੀਤ ਜੀ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਅਮਰਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸੇਵਾ ਸਾਡੀ ਬਹੁਤ ਕੀਤੀ ਜੁੱਬਾ ਸਿਟੀ ਨਗਰ ਕੀਰਤਨ ਚ, ਕਦੇ ਚਾਹ ਲਿਆਏ ਕਦੇ ਪਿੰਨੀਆਂ ਲਿਆਏ, ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਭਾਈ ਬਹੁਤ ਧੰਨਵਾਦ। ਪੰਜਾਬੀ ਜਿਹੜਾ ਯੂਐਸਏ ਸਾਡੀ ਕੌਮ ਲਈ ਲਗਾਤਾਰ ਖੜਦਾ, ਸਾਡੀ ਗੱਲ ਕਰਦਾ। ਅਸੀਂ ਤਾਂ ਸੋਚਦੇ ਵੀ ਅਸੀਂ ਬੜਾ ਕੁਝ ਕਰ ਲਿਆ, ਤੁਸੀਂ ਤਾਂ ਸਾਰਾ ਕੁਝ ਕਰ ਰਹੇ ਹੋ ਸਾਡੀ ਕੌਮ ਲਈ। ਤੁਹਾਡਾ ਜ਼ਿਆਦਾ ਧੰਨਵਾਦ। ਥੈਂਕ ਯੂ ਜੀ। ਜੀ ਵੈਲਕਮ ਜੀ। ਰਾਜਪਾਲ ਜੀ, ਚੇਤਾ ਆਪਣੀ 6 ਮਹੀਨੇ ਪਹਿਲਾਂ ਗੱਲ ਹੋਈ ਸੀ, ਆਪਾਂ ਇਲੈਕਸ਼ਨ ਦੀ ਗੱਲ ਕਰਦੇ ਸੀ, ਤੁਸੀਂ ਪੁੱਛਿਆ ਵੀ ਕੌਣ ਆਹ ਵਾਰੀ ਪ੍ਰੈਜ਼ੀਡੈਂਟ ਬਣੂਗਾ। ਮੈਂ ਆਪਦੀ ਪ੍ਰੋਡਕਸ਼ਨ ਦਿੱਤੀ ਸੀ, ਮੈਂ ਕਿਹਾ ਵੀ ਡੋਨਾਲਡ ਟਰੰਪ ਨੇ ਮੁੜ ਕੇ ਵਾਪਸ ਆ ਜਾਣਾ ਪ੍ਰੈਜ਼ੀਡੈਂਟ ਨਾ। ਜਿੱਦਾਂ ਨਾ ਹੈਗੇ ਤਾਂ ਦੋਨੇ ਨਹੀਂ ਸਹੀ ਹੈ ਨਾ। ਕਾਲ ਡ੍ਰੌਪ ਹੋ ਗਈ ਆ ਅਮਰਜੀਤ ਜੀ ਤੁਹਾਡੀ। ਇਹ ਵੈਸੇ ਜਿਹੜੀ ਇਹ ਗੱਲ ਜਾਂਦੇ ਇਹਨਾਂ ਦੀ ਜਿਹੜੀ ਕਾਲ ਡ੍ਰੌਪ ਤੋਂ ਪਹਿਲਾਂ ਬਹੁਤ ਸਾਰੇ ਲੋਕ ਏਦਾਂ ਸੋਚਦੇ ਆ, ਕਹਿੰਦੇ ਵੀ ਯਾਰ ਕਿੱਦਾਂ ਜਿਹੜੀ ਉਹ ਕੀਤੀ ਜਾਵੇ। ਬਹੁਤ ਸਾਰੇ ਲੋਕਾਂ ਦਾ ਇਹ ਵਿਚਾਰ ਆ, ਇਹ ਨਾਰਮਲ ਆ ਇਹ ਗੱਲ ਵੀ ਜਿਨ੍ਹਾਂ ਨੂੰ ਦੋਨੋਂ ਹੀ ਕੈਂਡੀਡੇਟ ਜਿਹੜੇ ਉਹ ਚੰਗੇ ਨਹੀਂ ਲੱਗਦੇ, ਪਰ ਕੀ ਕਹਿੰਦੇ ਵੀ ਫਿਰ ਅੱਕ ਚੱਬਣਾ ਪੈਂਦਾ, ਉਹ ਗੱਲ ਜਿਹੜੀ ਉਹ ਬਣ ਜਾਂਦੀ ਹੈਗੀ। ਤੁਸੀਂ ਦੇਖੋ ਨਾ ਵੀ ਜੇ ਕਿਤੇ ਜੋ ਬਾਈਡਨ ਹੁੰਦਾ ਫਿਰ ਟਰੰਪ ਨੇ ਤਾਂ ਫਿਰ 100% ਵਿਨ ਸੀ। ਮੈਨੂੰ ਲੱਗਦਾ ਹੁਣ ਤੱਕ ਤਾਂ ਫਿਰ ਆਪਾਂ ਘਰੇ ਪਹੁੰਚ ਜਾਣਾ ਸੀ ਚਾਹ ਚੁੱਪੀ ਕੇ, ਹੁਣ ਤਾਂ ਹੀ ਤਾਂ ਕਾਲ ਹੋ ਜਾਣੀ ਸੀ। ਕਮਲਾ ਹੈਰਿਸ ਚੇਂਜ ਹੋਣ ਦੇ ਨਾਲ ਕਾਫੀ ਫਾਸਟ ਜਿਹੜੀ ਟੱਕਰ ਹੈ। ਇੱਕ ਆਪਣੇ ਪਹਿਲੇ ਕਾਲਰ ਇਹ ਕਹਿ ਕੇ ਗਏ ਸੀ ਵੀ ਜਦੋਂ ਦੇਖਿਆ ਵੀ ਜਿਹੜੇ ਧਨਾੜ ਸੀ ਨਾ ਉਹਨਾਂ ਦੇ ਵੀ ਡੈਮੋਕ੍ਰੇਟਾਂ ਦੇ, ਉਹਨਾਂ ਨੇ ਦੇਖਿਆ ਵੀ ਬਾਈਡਨ ਹੋਣਾ ਦਾ ਕੋਈ ਚਾਂਸ ਨਹੀਂ ਆ। ਬਾਕੀ ਬਜ਼ੁਰਗ ਤਾਂ ਹੈਗੇ ਆ, ਇਹ ਵੀ ਕੋਈ ਘੱਟ ਬਜ਼ੁਰਗ ਨਹੀਂ। ਇਹ ਵੀ ਹੁਣੇ ਰੀਸੈਂਟਲੀ ਇਹਨੂੰ ਵੀ ਨਾਂ ਨੂੰ ਬਹੁਤ ਚੇਤਾ ਭੁੱਲਦੇ ਟਰੰਪ ਨੂੰ, ਕੋਈ ਐਸੀ ਗੱਲ ਨਹੀਂ। ਇਹ ਨਾ ਸੋਚਿਓ ਵੀ ਇਹਨੇ ਜਾ ਕੇ ਕਬੱਡੀ ਖੇਡ ਲੈਣੀ ਆ, ਐਸੀ ਨਹੀਂ ਕੋਈ ਗੱਲ। ਇਹ ਵੀ 80 ਨੂੰ ਹੀ ਢੁਕਣ ਡਿਆ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੋਕ ਉਹ ਦੇਖਦੇ ਆ, ਪਰ ਕਮਲਾ ਹੈਰਿਸ ਦੇ ਆਉਣ ਦੇ ਨਾਲ ਇਹ ਰੇਸ ਜਿਹੜੀ ਬਹੁਤ ਜ਼ਿਆਦਾ ਟਾਈਟ ਹੋ ਗਈ ਆ। ਅਮਰੀਕਾ ਦੇ ਇਤਿਹਾਸ ਦੇ ਵਿੱਚ ਅਜੇ ਤੱਕ ਕੋਈ ਵੀ ਜਿਹੜੀ ਮਹਿਲਾ ਰਾਸ਼ਟਰਪਤੀ ਆ ਉਹ ਨਹੀਂ ਬਣੀ ਹੈਗੀ। ਕੀ ਉਹ ਪਹਿਲੀ ਵਾਰ ਹੋਊਗਾ ਜਾਂ ਨਹੀਂ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਪਹਿਲਾਂ ਵੀ ਇੱਕ ਬੀਬੀ ਨੂੰ ਹਰਾ ਕੇ ਜਿਹੜੇ ਡੋਨਲਡ ਟਰੰਪ ਆ ਹਿਲਰੀ ਕਲਿੰਟਨ ਨੂੰ ਹਰਾ ਕੇ ਜਿਹੜਾ ਉਹ ਜਿੱਤੇ ਸੀਗੇ। ਉਸ 2016 ਦੀ ਇਲੈਕਸ਼ਨ ਦੇ ਵਿੱਚ ਹਰਜੋਤ ਜੀ ਆਪਾਂ ਸਾਰਿਆਂ ਨੇ ਦੇਖਿਆ ਅਰਵਿੰਦਰ ਵੀ ਉਹ ਹਿਲਰੀ ਕਲਿੰਟਨ ਇਹੀ ਕਹਿੰਦੀ ਰਹੀ ਵੀ ਮੈਂ ਟਰੰਪ ਨਹੀਂ ਆ ਤੇ ਮੈਨੂੰ ਵੋਟ ਪਾ ਦਿਓ, ਮੈਂ ਟਰੰਪ ਨਹੀਂ ਆ ਤੇ ਮੈਨੂੰ ਵੋਟ ਪਾ ਦਿਓ। ਉਹਦੇ ਕਰਕੇ ਲੋਕਾਂ ਨੂੰ ਉਹ ਚੀਜ਼ ਬੜੀ ਕੋਈ ਚੰਗੀ ਨਹੀਂ ਪਸੰਦ ਨਹੀਂ ਆਈ। ਸੋ ਉਸ ਨੂੰ ਬੁਰੀ ਤਰ੍ਹਾਂ ਜਿਹੜਾ ਉੱਥੇ ਲੋਕਾਂ ਨੇ ਜਿਹੜਾ ਉਹ ਹਰਾਇਆ। ਇਲੈਕਟਰਲ ਕਾਲਜ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਲੈਂਡਸਲਾਈਡ ਵਿਕਟਰੀ ਜਿਹੜੀ ਆ
ਉਹ ਟਰੰਪ ਹੋਣਾ ਦੀ ਰਹੀ ਸੀਗੀ। ਸੋ ਇਸ ਵਾਰ ਆਪਾਂ ਨੂੰ ਪਾਲਿਸੀਜ਼ ਹੋਰ ਕਈ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲੀਆਂ। ਜਿਹੜੇ ਪੋਲੀਟੀਸ਼ੀਅਨ ਇੱਕ ਦੂਜੇ ਦੇ ਉੱਤੇ ਉਹਨਾਂ ਨੇ ਵਾਰ ਤਾਂ ਜਿਹੜੇ ਉਹ ਕਰਨੇ ਹੀ ਕਰਦੇ ਆ, ਪਰ ਫਿਰ ਵੀ ਉਸ ਤੇ ਜਿਹੜਾ ਉਹ ਬਾਵਜੂਦ ਆਪਾਂ ਨੂੰ ਇੱਥੇ ਪਾਲਿਸੀਜ਼ ਇਸ ਵਾਰ ਜਿਹੜੀਆਂ ਜ਼ਿਆਦਾ ਸੁਣਨ ਨੂੰ ਜਿਹੜੀਆਂ ਉਹ ਮਿਲੀਆਂ ਹੈਗੀਆਂ ਜੀ। ਸੋ ਬਿਲਕੁਲ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਕਹਿੰਦੇ ਜੀ ਜਦੋਂ ਪਹਿਲਾਂ ਆਦੇ ਡੈਮੋਕ੍ਰੇਟ ਹੁੰਦੇ ਫਿਰ ਰਿਪਬਲਿਕਨ ਚੇਂਜ ਹੋ ਜਾਂਦੇ। ਦੇਖੋ ਹਰ ਇੱਕ ਇਸ਼ੂ ਆ। ਸੋ ਇੱਕ ਜਣੇ ਲਿਖਦੇ ਆ ਵੀ ਜੀ ਆਪਣੇ ਲੋਕਾਂ ਨੂੰ ਐਜੂਕੇਸ਼ਨ ਨਹੀਂ, ਪਰ ਨਹੀਂ, ਸਾਨੂੰ ਰੇਡੀਓ ਚਲਾਉਂਦਿਆਂ ਨੂੰ 14 ਸਾਲ ਹੋ ਗਏ। ਆਪਾਂ ਬਹੁਤ ਜਗ੍ਹਾ ਜਾਈਦਾ, ਨਗਰ ਕੀਰਤਨਾਂ ਤੇ ਹੋਰ ਪ੍ਰੋਗਰਾਮਾਂ ਦੇ। ਆਪਣੇ ਲੋਕ ਬਹੁਤ ਵੈਲ ਅਵੇਅਰ ਹੈਗੇ ਆ, ਬਹੁਤ ਸਮਾਰਟ। ਪਰ ਇਹ ਆ ਵੀ ਹਰ ਇੱਕ ਦਾ ਆਪਣਾ ਇਸ਼ੂ ਆ। ਕਿਸੇ ਦਾ ਇਮੀਗ੍ਰੇਸ਼ਨ ਇਸ਼ੂ ਆ, ਕਿਸੇ ਦਾ ਕਵਰਡ ਕੈਲੀਫੋਰਨੀਆ ਮੈਡੀਕਲ ਵਾਲਾ ਇਸ਼ੂ ਸੀ, ਕਿਸੇ ਦਾ ਕੋਈ ਹੋਮਲੈਸਨੈਸ ਵਾਲਾ, ਕਿਸੇ ਦਾ ਕ੍ਰਾਈਮ ਵਾਲਾ ਹਨਾ, ਕਿਸੇ ਦਾ ਜਿੱਦਾਂ ਟਰੱਕਾਂ ਵਾਲਿਆਂ ਦਾ ਆਪਾਂ ਦੇਖਿਆ ਉਹਨਾਂ ਦਾ ਗੈਸ ਦਾ ਹੈਗਾ, ਇਕਨੋਮੀ ਦਾ। ਸੋ ਹਰ ਇੱਕ ਦੇ ਆਪਣੇ ਆਪਣੇ ਇਸ਼ੂ ਆ ਤੇ ਉਸ ਵਿਊ ਪੁਆਇੰਟ ਦੇ ਨਾਲ ਬੰਦਾ, ਕਈਆਂ ਦਾ ਹੁਣ ਸਾਡਾ ਵੀ ਕਈਆਂ ਦਾ ਇਸ਼ੂ ਹੁੰਦਾ ਵੀ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਸਿੱਖਾਂ ਨਾਲ, ਉੱਥੇ ਕਿਹੜਾ ਕੈਂਡੀਡੇਟ ਖੜੂਗਾ ਦੋਨਾਂ ਦੇ ਵਿੱਚੋਂ। ਸੋ ਬਹੁਤ ਸਾਰੀਆਂ ਚੀਜ਼ਾਂ ਇਹ ਜਿਹੜੀਆਂ ਮੈਟਰ ਕਰਦੀਆਂ। ਤੁਸੀਂ ਇੱਕ ਕੈਂਡੀਡੇਟ ਚੋਂ ਸਾਰੀਆਂ ਚੀਜ਼ਾਂ ਨਹੀਂ ਲੱਭ ਸਕਦੇ। ਸੋ ਤੁਹਾਨੂੰ ਜਿਹੜਾ ਉਦਾਂ ਦਾ ਹੀ ਕੈਂਡੀਡੇਟ ਚੁਣਨਾ ਪੈਣਾ ਜਿਹੜਾ ਲੱਗੂਗਾ ਵੀ ਹਾਂ ਥੋੜਾ ਜਿਹਾ ਓਵਰਆਲ ਜੇ ਥੋੜਾ ਜਿਹਾ ਤੁਹਾਨੂੰ ਬੈਟਰ ਰਹੇ, ਨਾ ਕਿ 100% ਕਿਸੇ ਨੇ ਨਹੀਂ ਹੋਣਾ ਹਰ ਇਸ਼ੂ 'ਚ ਜੀ। ਤੇ ਆਪਣੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਜਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਇਹਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਵੀਰ ਜੀ, ਪੂਰਾ ਫਸਵਾਂ ਮੁਕਾਬਲਾ ਚੱਲ ਰਿਹਾ ਜੀ, ਬੜਾ ਮਜ਼ਾ ਆ ਰਿਹਾ। ਆਈ ਮੀਨ ਪੂਰੀ ਅਪਡੇਟ ਆ ਰਹੀ ਆ। ਤਾਂ ਐਕਚੁਅਲੀ ਅੱਜ ਤਦੇ ਹੀ ਮੈਂ ਆਣਾ ਦੇਣੇ ਸੀ, ਪਰ ਰਾਤ ਚੂਜ਼ ਕੀਤੀ। ਮੈਂ ਕਿਹਾ ਚਲੋ ਪ੍ਰੋਗਰਾਮ ਸੁਣਾਂਗੇ। ਤਾਂ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ। ਤਾਂ ਮੈਂ ਇੰਡੀਅਨ ਐਪਲੈਂਸ ਇੰਡੀਆਨਾ ਤੋਂ ਬੋਲ ਰਿਹਾ ਜੀ। ਇੱਧਰ ਦਾ ਇਹ ਤਾਂ ਵੈਸੇ ਰੈੱਡ ਸਟੇਟ ਆ। ਆਈ ਮੀਨ ਕਿਵੇਂ ਚੱਲ ਰਿਹਾ, ਥੋੜਾ ਜਿਹਾ ਦੱਸਿਓ ਇਹਦੇ ਬਾਰੇ। ਇੰਡੀਆਨਾ ਦੀ ਗੱਲ ਕਰਦੇ ਆ ਜੀ। ਹਾਂਜੀ ਹਾਂਜੀ ਵੀਰ ਜੀ, ਇੰਡੀਆਨਾ ਸਭ ਤੋਂ ਪਹਿਲੀ ਸਟੇਟ ਸੀ ਜਿਹੜੀ ਕਾਲ ਕੀਤੀ ਗਈ ਸੀ ਟਰੰਪ ਦੇ ਲਈ। ਸੋ ਉੱਥੇ ਟਰੰਪ ਜਿਹੜੇ ਆ 60% ਵੋਟਾਂ, ਤਕਰੀਬਨ 59% ਵੋਟਾਂ ਲੈ ਕੇ ਜਿਹੜੇ ਆ ਆਲਰੇਡੀ ਉਹਨਾਂ ਨੂੰ ਜੇਤੂ ਘੋਸ਼ਿਤ ਕਰਤਾ। ਉਦਾਂ ਅਜੇ 83% ਹੀ ਜਿਹੜੀਆਂ ਵੋਟਾਂ ਕਾਊਂਟ ਹੋਈਆਂ। ਉਹ ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ। ਹਾਂਜੀ, 11 ਸੀਟਾਂ ਤੁਹਾਡੀ ਜਿਹੜੀ ਆ ਸੂਬੇ ਨੇ ਟਰੰਪ ਹੋਣਾ ਦੀ ਝੋਲੀ ਪਾਤੀਆਂ। ਵੈਰੀ ਗੁੱਡ, ਵੈਰੀ ਗੁੱਡ। ਹਾਂਜੀ ਵੀਰ ਜੀ, ਬਾਕੀ ਇੱਕ ਤੁਹਾਡੇ ਲੈਣਾ ਆ, ਦੀਵਾਲੀ ਦੇ ਟਾਈਮ ਤੇ ਟਰੰਪ ਨੇ ਚੰਗਾ ਮੋਦੀ ਨੂੰ ਲਾਇਆ ਮੱਖਣ। ਉਹ ਜੀ ਵੋਟਾਂ ਕਰਕੇ ਹੀ ਸੀਗਾ, ਵੋਟਾਂ ਦਾ ਹੀ ਕਰਕੇ, ਜਾਂ ਕਿ ਨਹੀਂ ਉਹਦਾ ਯਾਰ ਤਾਂ ਦੇਖੋ ਇਹ ਹੈਗਾ ਆ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ। ਉਹ ਮਿੱਤਰ ਤਾਂ ਉਹਦਾ ਹੈਗਾ ਆ, ਜੱਫੀਆਂ ਪਾਉਂਦੇ ਆ ਦੋਨੋਂ, ਐਸੀ ਨਹੀਂ ਕੋਈ ਗੱਲ। ਥੋੜੀ ਸੋਚਣੀ ਵੀ ਇੱਕੋ ਜਿਹੀ ਹੈਗੀ ਆ ਕਿਤੇ ਕਿਤੇ ਨਹੀਂ, ਪੂਰੀ ਅਗਲੇ ਕਹਿੰਦੇ ਵੀ ਮੇਰੀ ਚੱਲਦੀ, ਡੰਡੇ ਦੇ ਜ਼ੋਰ ਤੇ ਚੱਲਣੀ ਆ, ਜਿੱਦਾਂ ਮਰਜ਼ੀ ਕਰ ਲਓ। ਆਥੋਰੀਟੇਰੀਅਨ ਸੁਭਾਅ ਆ ਲੱਗਦੀਆਂ ਜੀ। ਜਿੱਦਾਂ ਹੁਣ ਇਹ ਬਿਜ਼ਨਸਮੈਨ ਆ, ਆਪਾਂ ਨੂੰ ਟਰੱਕਿੰਗ ਵਾਲਿਆਂ ਨੂੰ ਜਾਂ ਕਿੱਦਾਂ ਇਹੀ ਆ ਬਈ ਅਮਰੀਕਾ ਅੱਗੇ ਵਧੇ, ਪਰ ਕੁਝ ਚੀਜ਼ਾਂ ਵਜੇ ਵੇਲੇ ਲੱਗਦੀਆਂ ਵੀ ਇਹ ਵੀ ਉਹੀ ਬੋਲੀ ਜਾਏ ਬੋਲ ਰਹੇ ਆ ਕਈ ਵਾਰ। ਪਰ ਚਲੋ ਇੱਥੇ ਸਾਰਿਆਂ ਨੂੰ ਮੌਕਾ ਆ, ਅਸੀਂ ਵੋਟ ਕੀਤੀ ਆ ਸਾਰਿਆਂ ਨੇ। ਲੈਟਸ ਸੀ ਕਪਲ ਘੰਟਿਆਂ, ਥੋੜੇ ਘੰਟਿਆਂ 'ਚ ਰਿਜ਼ਲਟ ਆ ਜਾਣਾ। ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਅਪਡੇਟ ਚੱਲ ਰਹੀ ਆ। ਥੈਂਕ ਯੂ ਜੀ। ਮਿਹਰਬਾਨੀ। ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਜਿੱਦਾਂ ਆਪਾਂ ਪਹਿਲਾਂ ਦੱਸਦੇ ਰਹਿੰਦੇ ਆ ਨਾ ਵੀ ਇੱਥੇ ਜਿਹੜਾ ਪ੍ਰੈਜ਼ੀਡੈਂਟ ਆ ਉਹਦੇ ਕੋਲ ਉਨੀ ਪਾਵਰ ਨਹੀਂ ਹੁੰਦੀ। ਇੱਥੇ ਬੜੀ ਡਿਵਾਈਡਡ ਆ, ਕਾਂਗਰਸ ਕੋਲ ਆ, ਸੈਨੇਟ ਕੋਲ ਆ, ਬਹੁਤ ਸਾਰੇ ਜਿਹੜੇ ਸੁਪਰੀਮ ਕੋਰਟ ਕੋਲ ਆ, ਲੋਅਰ ਕੋਰਟ ਦੇ ਜਿਹੜੇ ਜੱਜਸ ਹੁੰਦੇ ਆ ਉਹੀ ਕਈ ਵਾਰੀ ਆਪਾਂ ਪਿਛਲੇ ਸਮੇਂ 'ਚ ਦੇਖਿਆ ਨਾ ਇਮੀਗ੍ਰੇਸ਼ਨ ਨੂੰ ਲੈ ਕੇ ਓਵਰਟਰਨ ਕਰ ਦਿੰਦੇ ਸੀ। ਪਰ ਇੰਡੀਆ ਦੇ ਵਿੱਚ ਤਾਂ ਜਿਹੜੇ ਇੱਕ ਬੰਦਾ ਬਣ ਗਿਆ ਵੀ ਸਾਰਾ ਕੁਝ ਉਹੀ ਕੰਟਰੋਲ ਕਰਦਾ। ਸੋ ਇੱਥੇ ਬਹੁਤ ਜ਼ਿਆਦਾ ਫਰਕ ਆ। ਏਦਾਂ ਨਹੀਂ ਹੈ ਵੀ ਜੇ ਬਣ ਗਿਆ ਤਾਂ ਇੱਕਦਮ ਹੀ ਡਿਕਟੇਟਰ ਹੀ ਹੋ ਜਾਊਗਾ, ਹਨਾ ਜੀ। ਚੈਕਸ ਐਂਡ ਬੈਲੈਂਸਿਸ ਫਿਰ ਵੀ ਜਿਹੜੇ ਉਹ ਦੇਖਣ ਨੂੰ ਜਿਹੜੇ ਉਹ ਆਪਾਂ ਨੂੰ ਮਿਲਦੇ ਹੀ ਰਹਿੰਦੇ ਆ। ਹਰਵਿੰਦਰ ਆਪਣੇ ਨਾਲ ਜੁੜੇ ਨੇ ਗਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ, ਤਿੰਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਵੋਟ ਪਾ ਕੇ ਇੱਥੋਂ ਫਿਰ ਆ ਗਿਆ। ਮੈਂ ਆਪਦੇ ਪਿੰਡ ਪੰਜਾਬ ਲੁਧਿਆਣੇ ਬੈਠਾ, ਜ਼ਿਲ੍ਹੇ ਕੋਲੇ ਰੁੜਕੇ ਪਿੰਡ ਜੀ। ਅੱਛਾ, ਭਜਨ ਸਿੰਘ ਗਿੱਲ ਜੀ ਉੱਥੇ ਪਹੁੰਚੇ ਨੇ ਹੈ? ਹਾਂਜੀ ਹਾਂਜੀ। ਤੇ ਮੈਂ ਗਿੱਲ ਸਾਹਿਬ ਵਕੀਲ ਆ। ਹੁਣ ਵਕੀਲ ਸਾਹਿਬ ਦੱਸੋ ਜੀ, ਆਪਣਾ ਤੁਹਾਡਾ ਵਿਊ ਪੁਆਇੰਟ ਕੀ ਹੈਗਾ? ਕਿਹਨੂੰ ਵੋਟ ਪਾ ਕੇ ਗਏ ਆ? ਮੈਂ ਤਾਂ ਵੋਟ ਦੇਖੋ ਜੀ, ਆਪਾਂ ਤਾਂ ਵੋਟ ਤਾਂ ਪਾਈ ਸੀ ਕਮਲਾ ਨੂੰ, ਪਰ ਮੈਂ ਤਾਂ ਇੱਕੋ ਸੋਚਣਾ ਚਾਹੁੰਦਾ ਪ੍ਰਾਪ 36 ਜਿੱਤਣੀ ਚਾਹੀਦੀ ਆ। ਸਹੀ ਗੱਲ, ਬਿਲਕੁਲ। ਜਿਹੜਾ ਕੈਲੀਫੋਰਨੀਆ ਦਾ ਕ੍ਰਾਈਮ ਆ ਉਹਦੇ ਥੋੜਾ ਕੰਟਰੋਲ ਹੋਣਾ ਚਾਹੀਦਾ। ਤੇ ਇਹੀ ਡੈਮੋਕ੍ਰੇਟ ਨਹੀਂ, ਪੂਰਾ ਹੀ ਕੰਟਰੋਲ ਚਾਹੀਦਾ। ਹੁਣ ਤਾਂ ਹਾਲ ਮਾੜੇ ਆ ਜੀ। ਚਲੋ ਜੇ ਸ਼ੁਰੂ ਹੋਊਗਾ ਤਾਂ ਹੀ ਹੋਊਗਾ ਅੱਗੇ। ਸਹੀ ਗੱਲ ਆ ਜੀ। ਤੇ ਸਟਾਰਟ ਕਰਨਗੇ। ਇੱਕ ਭਰਾ ਅੱਗੇ ਕਹਿ ਗਿਆ ਵੀ ਡੈਮੋਕ੍ਰੇਟਾਂ ਨੇ ਤਾਂ
ਇਹਨੂੰ ਖਾ ਕੇ ਲੁੱਟ ਕੇ ਲੋਕਾਂ ਨੂੰ ਵੰਡਤੇ, ਉਹ ਉਸੇ ਚੀਜ਼ ਨੇ ਤੇ ਇਮੀਗ੍ਰੇਸ਼ਨ ਨੇ ਇਹਨਾਂ ਨੂੰ ਮਾਰਨਾ। ਆ ਦੋ ਚੀਜ਼ਾਂ ਨੇ ਹੁਣ ਨਜ਼ਰ ਆ ਹੀ ਰਿਹਾ। ਮੈਨੂੰ ਲੱਗਦਾ ਜੀ ਇਸ ਵਾਰ ਰਿਪਬਲਿਕਨ ਦੀ ਵੋਟ ਇੱਥੇ ਕਾਫੀ ਜ਼ਿਆਦਾ ਵਧੇਗੀ ਕੈਲੀਫੋਰਨੀਆ ਦੇ ਵਿੱਚ, ਪਿਛਲੇ ਸਾਲ ਦੇ ਮੁਕਾਬਲੇ ਪਪੂਲਰ ਵੋਟ ਵਧੇਗੀ ਉਹਨਾਂ ਦੀ ਇੱਥੇ। ਬਿਲਕੁਲ ਵਧੂਗੀ, ਜ਼ਰੂਰ ਵਧਣੀ ਆ। ਹਾਂਜੀ ਇਹ ਤੇ ਚਲੋ ਮੈਂ ਕਿਹਾ ਵੀ ਮੈਂ ਸਭ ਤੋਂ ਬੈਸਟ ਇਹੀ ਆ, ਮੈਂ ਆਪਦਾ ਪੰਜਾਬੀ ਰੇਡੀਓ ਲਾ ਕੇ ਬੈਠਦਾ ਸੁਣਦਾ ਤੁਹਾਡਾ ਤੇ ਵੈਰੀ ਗੁੱਡ ਅਪਡੇਟ ਦੇ ਰਹੇ ਹੋ ਸਭ ਕੁਝ। ਧੰਨਵਾਦ ਤੁਹਾਡਾ। ਧੰਨਵਾਦ ਜੀ, ਮਿਹਰਬਾਨੀ ਜੀ। ਜੀ ਰਾਜ ਜੀ ਤੇ ਹਰਜੋਤ ਜੀ, ਆਪਾਂ ਕਿਉਂਕਿ ਹੁਣ ਕੈਲੀਫੋਰਨੀਆ ਦੇ ਰਿਜ਼ਲਟ ਵੀ ਸਾਡੇ ਸਾਹਮਣੇ ਆ ਤੇ ਆਪਾਂ ਥੋੜੀ ਜਿਹੀ ਬੈਲਟ ਮੈਜਰ ਦੀ ਵੀ ਉੱਥੇ ਆਪਾਂ ਗੱਲ ਕਰ ਲੈਨੇ ਆ। ਕਾਫੀ ਉਹਨਾਂ ਦੇ ਵਿੱਚ ਉਹਨਾਂ ਦੀ ਵੀ ਆਪਾਂ ਕੋਲ ਰਿਪੋਰਟਿੰਗ ਹੋਣੀ ਸ਼ੁਰੂ ਹੋ ਗਈ ਹੈ। ਪ੍ਰੋਪ 36 ਜਿਹਦੇ ਵਿੱਚ ਥੈਫਟ ਤੇ ਡਰੱਗ ਕ੍ਰਾਈਮ ਦੀ ਗੱਲ ਕੀਤੀ ਸੀ, ਉਹਦੇ ਉੱਪਰ 72% ਜਿਹੜੇ ਲੋਕ ਆ ਉਹਨਾਂ ਨੇ ਤੇ ਯੈਸ ਕੀਤੀ, ਭਾਵੇਂ ਕਿ ਇਨੀਸ਼ੀਅਲ ਰਿਜ਼ਲਟ ਹੀ ਆ ਜੇ। ਸੋ ਉਹਦੇ ਜਿਹੜੇ ਆਪਾਂ ਕੋਲ ਰਿਜ਼ਲਟ ਆ ਉਹ ਆਉਣੇ ਸ਼ੁਰੂ ਹੋਏ ਆ। ਸੋ ਉਸ ਤੋਂ ਇਲਾਵਾ ਜਿਹੜੇ ਇੱਕ ਹੋਰ ਹੈਗਾ ਸੀ ਕਿ ਜਿਹੜਾ ਆਪਾਂ ਦਾ ਕਾਫੀ ਹੈਗਾ ਕਿ ਪ੍ਰੋਪ ਜਿਵੇਂ ਪ੍ਰੋਪ ਅਮੈਂਡਮੈਂਟ 3 ਹੈ ਨਾ, ਸੇਮ ਸੈਕਸ ਮੈਰਿਜ ਬੈਨ। ਸੋ ਉਹਦੇ ਵਿੱਚ ਤਕਰੀਬਨ 60% ਦੇ ਲੋਕਾਂ ਦੇ ਜਿਹੜੀ ਰਿਪੋਰਟਿੰਗ ਦੇ ਅਕੋਰਡਿੰਗਲੀ ਉਹ ਯੈਸ ਲੋਕਾਂ ਨੇ ਉਹਦੇ ਉੱਤੇ ਕੀਤੀ ਆ, ਜਿਹੜਾ ਉਹਨਾਂ ਨੇ ਕਨਸਟੀਟਿਊਸ਼ਨ ਚੇਂਜ ਵਾਲੀ ਸੀਗੀ। ਹੋਰ ਵੀ ਕਿਸੇ ਬੈਲਟ ਮੈਜਰ ਦੀ ਮੈਰਿਜ ਵਾਲਾ ਤੇ ਵਿਊਅਰਸ ਜੀ ਆਪਣੇ ਇਹਦੇ ਬਾਰੇ ਵੀ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਰਹਾਂਗੇ। ਬਿਲਕੁਲ ਕਰਦੇ ਰਹਾਂਗੇ। ਅਜੇ ਇਨੀਸ਼ੀਅਲ ਸਟੇਜ ਦੇ ਵਿੱਚ ਅਜੇ 20 ਮਿੰਟ ਵੀ ਨਹੀਂ ਹੋਏ ਇਸ ਜਿਹੜੀ ਕਾਊਂਟਿੰਗ ਉਸ ਨੂੰ ਸਟਾਰਟ ਜਿਹੜੇ ਹੋਏ। ਅਗਲੇ ਆਪਣੇ ਜਿਹੜੇ ਕਾਲਰ ਨੇ ਚੰਦਨ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਕਿਹਾ ਭਾਜੀ ਬੰਦਾ ਕਹਿ ਕੇ ਨਾ ਦੋਨੇ ਹੀ ਬੇਈਮਾਨ ਆ, ਕਹਿੰਦਾ ਫਿਰ ਉਹਨਾਂ ਚ ਇੱਕ ਜਿਹੜਾ ਘੱਟ ਬੇਈਮਾਨ ਉਹਨੂੰ ਚੁਣ ਲਓ। ਹਾਂਜੀ ਇਦਾਂ ਹੀ ਹੁੰਦਾ। ਹਾਂਜੀ ਨਾਲੇ ਇਹਨਾਂ ਨੇ ਭਾਜੀ ਕੈਲੀਫੋਰਨੀਆ ਜਿਹੜੀ ਨਿਊਸਮ ਪਾਰਟੀ ਹੈ ਨਾ, ਇਹ ਸਾਰੀ ਵਿੱਚ ਕਮਲਾ ਹੈਰਿਸ ਸਾਰੇ, ਇਹਨਾਂ ਨੇ ਸੈਨ ਫ੍ਰਾਂਸਿਸਕੋ ਚ ਇੰਨਾ ਗੰਦ ਪਾਇਆ ਤੇ ਨਾਲ ਸਾਡੇ ਨਾਲ ਚੀਟਿੰਗ ਕੀਤੀ ਟੈਕਸੀ ਵਾਲਿਆਂ ਨਾਲ। ਇੱਕ ਪਾਸੇ ਫਰੀ ਵਾਲੇ ਮੈਡਾਲੀਅਨ 2.5 ਲੱਖ ਦੇ ਵੇਚਣੇ ਸ਼ੁਰੂ ਕਰਤੇ। ਸਾਡੇ ਬੰਦੇ ਜਦੋਂ ਗੋਰੇ ਆ ਗਏ, ਉਹਨਾਂ ਦੇ ਗੋਰਿਆਂ ਦੇ ਵੇਚ ਕੇ ਸਾਡੇ ਗੱਲ ਪਾ ਤੇ ਬਾਅਦ ਚ ਉੱਪਰ ਤੇ ਲੈਫਟ ਪਾਤੀ ਜੀ, ਦੋਨੇ ਪਾਸੇ ਖੜੇ। ਇੱਕ ਵਾਰ ਸਾਨੂੰ 2.5 ਲੱਖ ਦਾ ਬੈਂਕ ਨੂੰ ਗਲਾ ਕਢਵਾਤਾ, ਉੱਪਰੋਂ ਸਾਰਾ ਬਿਜ਼ਨਸ ਖਵਾਤਾ। ਹੁਣ ਡੈਵਲਸ ਆਈ ਆ, ਮੈਂ ਤਾਂ ਖੁਸ਼ ਹੋਇਆ। ਹੁਣ ਉੱਪਰ ਤੇ ਲੈਫਟ ਵੀ ਚਿੱਕਾ ਮਾਰੂ ਗਿਆ, ਕੀ ਹੋ ਗਿਆ? ਹਰੇਕ ਦਾ ਬਾਪੂ ਹੁੰਦਾ ਆ। ਨਾਲੇ ਇਹਨਾਂ ਨੇ ਜੋ ਕੀਤਾ ਵੇ, ਇੱਕ ਤਾਂ ਕਾਨੂੰਨ ਕਿੰਨੇ ਗਲਤ ਵਾ। $950 ਦਾ ਚੋਰੀ, ਕੋਈ ਚੋਰੀ ਥੋੜ੍ਹਾ, ਕਹਿੰਦੇ ਚੋਰੀ ਨੇ, ਕਿਸੇ ਨੂੰ ਕੁਛ ਕਹਿਣਾ ਨਹੀਂ। ਫਿਰ ਸਕੂਲਾਂ 'ਚ ਹਰੇਕ ਚੀਜ਼ ਬਾਰੇ ਇਹਨਾਂ ਦਾ ਕੰਧ ਕਿੰਨਾ ਤੋਬਾ ਸਿਟੀ ਦੇ ਵਿੱਚ। ਅੱਗੇ ਟੂਰਿਸਟ ਇੰਨਾ ਆਉਂਦਾ ਸੀ, ਐਤਕੀ ਆਇਆ ਨਹੀਂ ਭਾਜੀ। ਡਰਦੇ ਜੋ 6 ਸਟਰੀਟ ਤੋਂ 7 ਤੋਂ ਲੰਘਦੇ ਆ ਨਾ, ਉਹ ਰਾਮ ਜਿੱਦਾਂ ਵਾਹਿਗੁਰੂ ਦੇਖੋ ਸੈਨ ਫ੍ਰਾਂਸਿਸਕੋ ਦਾ ਨਿਕਲਦੇ ਲੋਕ, ਸਹੀ ਗੱਲ ਹੈ। ਇੰਸ਼ੋਰੈਂਸ ਕੰਪਨੀਆਂ ਦਾ ਸਰਵੇ ਆ ਵੀ ਹਰ ਰੋਜ਼ 800 ਦੇ ਕਰੀਬ ਕਾਰ ਕੱਲੇ ਸੈਨ ਫ੍ਰਾਂਸਿਸਕੋ 'ਚ ਟੁੱਟਦੀ ਆ। 800 ਦੇ ਕਰੀਬ ਭਾਜੀ ਇੱਥੇ ਹਿਸਾਬ ਲਾ ਲਓ। ਕਈ ਵਾਰ ਬੰਦੇ ਬਾਹਰੋਂ ਆਏ ਹੁੰਦੇ ਆ, ਉਹਨਾਂ ਨੂੰ ਪਤਾ ਨਹੀਂ ਵਿੱਚੇ ਸਮਾਨ ਆ, 1 ਮਿੰਟ 'ਚ ਚੱਕ ਕੇ ਲੈ ਜਾਂਦੇ ਆ ਸਾਰਾ। ਮੇਰੇ ਦੇਖਦੇ ਇੱਥੇ ਹੁਣ 10-12 ਗਲਾਸ ਜਿਹੜੇ ਸਰ ਹੈ ਨਾ, ਜਿਹੜੇ ਵਿੰਡੋ ਤੋੜ ਜਾਂਦੇ ਆ, ਨਵੇਂ ਖੁੱਲੇ ਆ। ਇੱਕ ਤੇ ਜਾਓ, ਇੰਸ਼ੋਰੈਂਸ ਵਾਲਿਆਂ ਦੀ ਲਾਈਨ ਲੱਗੀ ਹੁੰਦੀ ਆ, ਇੱਕ ਦੂਏ ਪਾਸੇ ਕੈਸ਼ ਵਾਲਿਆਂ ਦੀ ਲਾਈਨ ਲੱਗੀ ਹੁੰਦੀ। ਵੈਸੇ ਕੈਸ਼ ਪਾਉਣਾ, ਸਾਡੇ ਇੰਸ਼ੋਰੈਂਸ ਹੈ ਨਹੀਂ। ਉਹਨਾਂ ਕੋਲ ਉਹ ਗਲਾਸ ਨਹੀਂ ਹੁੰਦੇ ਵਿਚਾਰਿਆਂ ਕੋਲ। ਕੋਈ ਕਹਿੰਦਾ ਮੈਂ ਓਰੀਜਨਲ ਪਾਉਣਾ, ਕੋਈ ਕਹਿੰਦਾ ਉਹ ਪਾਉਣਾ। ਜੇ ਓਰੀਜਨਲ ਪਾਉਣਾ 2-2 ਮਹੀਨੇ ਦੀ ਵੇਟਿੰਗ ਆ। ਠੀਕ ਹੈ ਜੀ। ਥੈਂਕ ਯੂ ਭਾਜੀ। ਥੈਂਕ ਯੂ ਜੀ। ਜਿਹੜੇ ਬੰਦੇ ਕੋਈ ਗੱਡੀ ਤੋਂ ਕੀ ਕਰੂਗਾ ਫਿਰ ਤਾਂ ਕਰਕੇ ਇਹਨੂੰ ਨਹੀਂ ਲੋਕੀ ਚਾਹੁੰਦੇ ਨਾਲ ਜੀ। ਚਲੋ ਦੇਖ ਰਹੇ ਆ ਨਾਈਆ ਕਿੱਡੇ ਵਾਲ ਤੁਹਾਡੇ ਮੋਹਰੇ ਆਣੇ, ਕੀ ਆਪਣੇ ਕੀਤੀ ਭਰਦਾ ਹੁੰਦਾ ਬੰਦਾ। ਥੈਂਕ ਯੂ ਜੀ। ਉੱਪਰ ਵਾਲੇ ਨੂੰ ਪਤਾ ਕਿਹੜਾ ਦੇਣਾ ਨਹੀਂ ਦੇਣਾ ਜੀ। ਥੈਂਕ ਯੂ ਜੀ। ਕਹਿੰਦਾ ਇੰਡੀਆ ਮਾਫੀਆ ਜਤਾਉਂਦਾ ਹੁੰਦਾ ਨਾ, ਜਿਹੜਾ ਜਿਹੜੇ ਕ੍ਰਿਕਟ ਦੇ ਮੈਚ ਹੁੰਦੇ ਆ, ਜਾਣ ਕੇ ਛੱਡ ਦਿੰਦੇ ਫਿਰ ਕੈਚ ਤੇ 99 ਤੇ ਫਿਰ ਕਿੰਨੀ ਵਾਰੀ ਤੈਨੂੰ ਨਾ ਆਊਟ ਹੋਇਆ ਵੇ 100 ਬਣਾਉਂਗਾ ਤੈਨੂੰ ਏਦਾਂ ਕਰਾਂਗੇ। ਬ੍ਰੇਕਿੰਗ ਨਿਊਜ਼ ਆ ਗਈ ਆ। ਡੋਨਲਡ ਟਰੰਪ ਨਾਰਥ ਕੈਰੋਲੀਨਾ ਜੇਤੂ ਜਿਹੜੇ ਉਹ ਘੋਸ਼ਿਤ ਕਰ ਦਿੱਤੇ ਗਏ ਆ। ਸੋ ਇਹ ਬੈਟਲ ਗਰਾਊਂਡ ਸਟੇਟ ਸੀਗੀ। ਨਾਰਥ ਕੈਰੋਲੀਨਾ ਦੀਆਂ 16 ਇਲੈਕਟਰਲ ਵੋਟਾਂ ਸੀਗੀਆਂ, ਜਿੱਥੇ ਉਹਨਾਂ ਨੇ ਡੈਮੋਕ੍ਰੇਟ ਨੋਮੀਨੀ ਕਮਲਾ ਹੈਰਿਸ ਨੂੰ ਹਰਾ ਦਿੱਤਾ ਆ। ਸੋ 2016 ਤੇ 2020 ਦੇ ਵਿੱਚ ਵੀ ਉਦਾਂ ਜਿਹੜੇ ਆ ਟਰੰਪ ਹੋਣਾ ਨੇ ਨਾਰਥ ਕੈਰੋਲੀਨਾ ਜਿਹੜੀ ਆ
ਉਹ ਜਿੱਤੀ ਸੀ। ਸੋ ਇਹ ਜਿੱਤਣ ਦੇ ਨਾਲ ਟਰੰਪ ਹੁਣੀ 270 ਦੇ ਜਾਦੂਈ ਆંકੜੇ ਦੇ ਵਿੱਚ ਜਿਹੜਾ ਆ ਉਹਦੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਨੇ। ਇਹ ਮੈਜਿਕ ਨੰਬਰ ਉਹ ਹੋ ਸਕਦਾ ਵੀ ਜਾਰਜੀਆ, ਪੈਂਸਿਲਵੇਨੀਆ ਜਿੱਥੇ ਉਹ ਲੀਡ ਕਰ ਰਹੇ ਆ, ਅਤੇ ਨਾਲ ਜਾਰਜੀਆ, ਮਿਸ਼ੀਗਨ, ਵਿਸਕੌਨਸਨ ਜਿਹੜੇ ਉਹ ਜਿੱਤਦੇ ਨੇ, ਵਿਸਕੌਨਸਨ, ਐਰੀਜ਼ੋਨਾ ਜਿਹੜੇ ਉਹ ਜਿੱਤਦੇ। ਬੜੇ ਤਰ੍ਹਾਂ ਦੇ ਕੰਬੀਨੇਸ਼ਨ ਨੇ ਜਿਹੜੇ ਇਸ ਤਰੀਕੇ ਦੇ ਨਾਲ ਆ। ਸੋ ਨਾਰਥ ਕੈਰੋਲੀਨਾ ਰੈੱਡ ਹੋ ਗਿਆ ਆ। ਸੋ ਨਾਰਥ ਕੈਰੋਲੀਨਾ ਜਿਹੜੀ ਆ 16 ਜਿਹੜੀਆਂ ਵੋਟਾਂ ਆ, 16 ਇਲੈਕਟਰਲ ਵੋਟਾਂ ਆ, ਉਹ ਟਰੰਪ ਹੁਣਾਂ ਦੇ ਖਾਤੇ ਪਈਆਂ। ਇਸ ਟਾਈਮ ਉਹ 270 ਤੋਂ ਮਹਿਜ 40 ਜਿਹੜੀਆਂ ਸੀਟਾਂ ਦੂਰ ਨੇ। 230 ਸੀਟਾਂ ਜਿਹੜੀਆਂ ਡੋਨਲਡ ਟਰੰਪ ਹੁਣੀ ਆਲਰੇਡੀ ਜਿੱਤ ਚੁੱਕੇ ਨੇ, ਤੇ ਕਮਲਾ ਹੈਰਿਸ ਇਸ ਟਾਈਮ 179 ਦੇ ਉੱਤੇ ਆ। ਪਾਪੂਲਰ ਵੋਟ ਦੇ ਵਿੱਚ ਵੀ 55 ਮਿਲੀਅਨ ਵੋਟ ਟਰੰਪ ਹੁਣਾਂ ਨੂੰ, 50 ਮਿਲੀਅਨ ਵੋਟ ਕਮਲਾ ਹੈਰਿਸ ਨੂੰ ਜਿਹੜੀ ਉਹ ਇਸ ਟਾਈਮ ਪੈ ਚੁੱਕੀ ਆ। ਹੋ ਸਕਦਾ ਵੀ ਕਮਲਾ ਹੈਰਿਸ ਜਿਹੜੀ ਪਾਪੂਲਰ ਵੋਟ ਫੇਰ ਜਿੱਤ ਜਾਵੇ, ਕਿਉਂਕਿ ਅਜੇ ਕੈਲੀਫੋਰਨੀਆ ਦੀਆਂ ਕਿੰਨੀ ਮਿਲੀਅਨ ਜਿਹੜੀਆਂ ਉਹ ਵੋਟਾਂ ਕਾਊਂਟ ਹੋ ਕੇ ਜਿਹੜੀਆਂ ਇਸ ਦੇ ਵਿੱਚ ਐਡ ਹੋ ਜਾਣੀਆਂ ਆ। ਪਰ ਨਾਰਥ ਕੈਰੋਲੀਨਾ ਟਰੰਪ ਹੁਣਾਂ ਦੇ ਲਈ ਕਾਲ ਕਰ ਦਿੱਤੀ ਗਈ ਆ। ਪੈਂਸਿਲਵੇਨੀਆ ਤੇ ਜਾਰਜੀਆ ਦੇ ਵਿੱਚ ਵੀ ਟਰੰਪ ਹੁਣੀ ਜਿਹੜੇ ਆ ਉਹ ਲੀਡ ਕਰ ਰਹੇ ਆ। ਨਾਰਥ ਕੈਰੋਲੀਨਾ ਦੇ ਵਿੱਚ 16 ਜਿਹੜੀਆਂ ਇਲੈਕਟਰਲ ਕਾਲਜ ਦੀਆਂ ਵੋਟ ਸੀਗੀਆਂ ਜੋ ਉਹ ਇਸ ਟਾਈਮ ਜਿੱਤ ਚੁੱਕੇ ਆ। ਤੇ ਇਹਦੇ ਵਿੱਚ ਅੱਗੇ ਨਾਲ ਦੱਸ ਦੇਵਾਂ ਵੀ ਜਿਹੜੇ ਕਮੈਂਟਾਂ ਦੇ ਵਿੱਚ ਇੱਕ ਦੂਜੇ ਨੂੰ ਭਾਈ ਗਾਲੀ ਹੋ ਰਹੇ ਆ, ਉਹ ਕਿਰਪਾ ਕਰਕੇ ਕੰਮ ਬੰਦ ਕਰੋ। ਤੁਸੀਂ ਜਿਹੜਾ ਉਹ ਸੁਣ ਰਹੇ ਆ, ਪਿਆਰ ਦੇ ਨਾਲ ਇੱਕ ਦੂਜੇ ਦੇ ਨਾਲ ਜਿਹੜਾ ਉਹ ਕਰੋ। ਇੱਥੇ ਨਾਲ ਇਹ ਵੀ ਕਹਿ ਦਈਏ ਹਰਜੋਤ ਜੀ, ਹਰਵਿੰਦਰ ਜੀ, ਵੀ ਬਹੁਤ ਸਾਰੇ ਲੋਕ ਜਿੱਦਾਂ ਦੇਖੋ ਕਿਸੇ ਨੇ ਵੋਟ ਹੈਰਿਸ ਨੂੰ ਪਾਈ, ਕਿਸੇ ਨੇ ਵੋਟ ਟਰੰਪ ਨੂੰ ਪਾਈ, ਪਰ ਪ੍ਰੋਪ 36 ਦੇ ਉੱਤੇ ਤੁਸੀਂ ਇਕੱਠੇ ਆ। ਕਿਸੇ ਨੇ ਵੋਟ ਟਰੰਪ ਨੂੰ ਪਾਈ, ਕਿਸੇ ਨੇ ਵੋਟ ਜਿਹੜੀ ਉਹ ਹੈਰਿਸ ਨੂੰ ਪਾਈ ਆ। ਹੋਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਤੁਸੀਂ ਜਿਹੜਾ ਉਹ ਇਕੱਠੇ ਹੁੰਦੇ ਆ। ਸੋ ਦੇयर इज ਆਲਵੇਜ਼ ਜਿਹੜਾ ਉਹ ਕੋਈ ਨਾ ਕੋਈ ਕਾਮਨ ਗਰਾਊਂਡ ਤੁਹਾਡਾ ਹੁੰਦਾ ਆ। ਉਸ ਚੀਜ਼ ਦੇ ਉੱਤੇ ਫੋਕਸ ਜਿਹੜੀ ਉਹ ਕਰਨ ਦੀ ਲੋੜ ਆ। ਕਿਸੇ ਇੱਕ ਚੀਜ਼ ਦੇ ਕਰਕੇ ਜਾਂ ਕਿਸੇ ਇੱਕ ਜਾਣੇ ਦੇ ਕਰਕੇ ਆਪਸ ਦੇ ਵਿੱਚ ਗੁੱਥਮ ਗੁੱਥਾ ਹੋਣ ਦੀ ਜਿਹੜੀ ਆ ਉਹ ਲੋੜ ਨਹੀਂ ਹੁੰਦੀ। ਸੋ ਪਲੀਜ਼ ਜਿਹੜਾ ਉਹ ਧਿਆਨ ਰੱਖਿਆ ਕਰੋ। ਕਿਉਂਕਿ ਧੀਆਂ ਭੈਣਾਂ ਸਾਰੀਆਂ ਬੀਬੀਆਂ ਸਾਡੇ ਨਾਲ ਜੁੜੀਆਂ ਹੋਈਆਂ ਆ ਪੂਰੇ ਵਰਲਡ ਤੋਂ, ਬਹੁਤ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਜੁੜੇ ਹੋਏ ਹੈਗੇ ਆ, YouTube ਤੇ Facebook ਦੇ ਉੱਤੇ। ਬਾਕੀ ਸਾਡੇ ਜਿਹੜੇ ਸਾਰੇ ਸਟੇਸ਼ਨਸ ਆ ਉਹਨਾਂ ਦੇ ਉੱਤੇ ਤੁਸੀਂ ਲਾਈਵ ਸੁਣ ਰਹੇ ਹੋ। ਅਸੀਂ ਤਾਂ ਆਪਣੀਆਂ ਐਡਾਂ ਵੀ ਬੰਦ ਕੀਤੀਆਂ ਲਗਾਤਾਰ। ਹੁਣ 2 ਘੰਟੇ ਹੋ ਗਏ, ਉੱਪਰ ਦਾ ਸਮਾਂ 2 ਘੰਟੇ ਹੋ ਗਏ ਹਰਜੋਤ ਜੀ, 2 ਘੰਟੇ ਹੋ ਗਏ ਜਦੋਂ ਦੇ ਆਪਾਂ ਜੁੜੇ ਹੋਏ ਆ। ਸੋ ਪਲੀਜ਼ ਕਿਉਂਕਿ ਇਹ ਇਦਾਂ ਦੀ ਸ਼ਬਦਾਵਲੀ ਨਾ ਵਰਤੋ, ਇਹ ਮਾੜੀ ਗੱਲ ਹੈਗੀ ਆ। ਆਪਣੀ ਸੋਚ ਦਾ ਜਿਹੜਾ ਪਤਾ ਲੱਗਦਾ ਹੈਗਾ। ਕਮਲਾ ਹੈਰਿਸ ਉਹਨਾਂ ਦੇ ਕੈਂਪੇਨ ਦੇ ਵਿੱਚ ਕਹਿੰਦੇ ਵੀ ਨਿਰਾਸ਼ਾ ਲਗਾਤਾਰ ਜਿਹੜੀ ਉਹ ਇਸ ਟਾਈਮ ਫੈਲ ਰਹੀ ਆ, ਤੇ ਟਰੰਪ ਹੋਣਾ ਦੇ ਜਿਹੜੇ ਆ ਕੈਂਪੇਨ ਦੇ ਜਿੱਥੇ ਵਾਚ ਪਾਰਟੀ ਹੋ ਰਹੀ ਆ, ਉਹ ਇਸ ਟਾਈਮ ਜਿਹੜੇ ਜਸ਼ਨ ਦੇ ਮਾਹੌਲ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਟਰੰਪ ਹੋਣਾ ਦੇ ਨਾਰਥ ਕੈਰੋਲੀਨਾ ਜਿੱਤਣ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਆਪਸ਼ਨਸ ਆ 270 ਵਾਲੀਆਂ ਲਗਾਤਾਰ ਜਿਹੜੀਆਂ ਉਹ ਉਹਨਾਂ ਦੇ ਕਲੋਜ਼ ਜਿਹੜੀਆਂ ਉਹ ਹੋ ਗਈਆਂ ਨੇ। ਦੇਖੋ ਪੈਂਸਿਲਵੇਨੀਆ ਹੁਣ ਕੀ ਰੇਸਸ ਜਿਹੜੀਆਂ ਰਹਿ ਗਈਆਂ ਕੱਲੀ ਆਪਾਂ ਡਿਸਕਸ ਕਰਦੇ ਹਾਂ। ਤੁਸੀਂ ਵੀ, ਮੈਂ ਪੈਂਸਿਲਵੇਨੀਆ ਦਾ ਦੱਸਦਾ, 76% ਰਿਪੋਰਟਿੰਗ ਹੋ ਗਈ ਆ ਪੈਂਸਿਲਵੇਨੀਆ। 19 ਇਲੈਕਟੋਰਲ ਵੋਟਸ ਆ ਇਹਨਾਂ ਦੀਆਂ, ਤੇ ਡੋਨਲਡ ਟਰੰਪ ਹੋਣਾ ਦਾ ਤੇ ਕਮਲਾ ਹੈਰਿਸ ਦਾ ਆਲਮੋਸਟ 1,80,000 ਵੋਟਾਂ ਦੇ ਫਰਕ ਆਪਾਂ ਕਹਿ ਸਕਦੇ ਹੈਗੇ ਆ। 27,44,266 ਟਰੰਪ ਉਹਨਾਂ ਦੇ ਕੋਲ ਆ, 25,67,022 ਇਹ ਕਮਲਾ ਹੈਰਿਸ ਦੇ ਕੋਲ ਆ। ਸੋ ਇਹ ਕਾਫੀ ਫਸਵੀਂ ਜਿਹੜੀ ਟੱਕਰ ਇੱਥੇ ਹੈਗੀ ਆ ਜੀ। ਬਿਲਕੁਲ, ਆਪਣੇ ਨਾਲ ਕਾਲਰਸ ਵੀ ਹੋਰ ਜੁੜ ਰਹੇ ਆ। ਹਰਵਿੰਦਰ ਤੁਸੀਂ ਇੱਕ ਸਟੇਟ ਦਾ ਦੱਸ ਦਿਓ ਤੇ ਫਿਰ ਆਪਾਂ ਅਗਲੇ ਕਾਲਰ ਵੱਲ ਨੂੰ ਜਿਹੜਾ ਉਹ ਵਧਦੇ ਆ। ਤੇ ਮੈਂ ਫੋਕਸ ਕਰਦਾ ਜਾਰਜੀਆ ਦੇ ਉੱਪਰ, ਕਿਉਂਕਿ ਉੱਥੇ ਤਕਰੀਬਨ 90% ਰਿਪੋਰਟਿੰਗ ਹੋ ਚੁੱਕੀ ਆ, ਤੇ ਜਿਹੜਾ ਫਰਕ ਆ ਉਹ ਤਕਰੀਬਨ ਅਸੀਂ ਕਹਿ ਲਈਏ 1,30,000 ਦਾ ਫਰਕ ਆ। ਡੋਨਲਡ ਟਰੰਪ 1,36,000 ਦਾ ਫਰਕ ਆ ਵੋਟਸ ਹੈਗੀਆਂ। ਸੋ ਇਹ ਕਾਫੀ ਕਲੋਜ਼ ਜਾ ਰਹੀ ਆ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਜੀ। ਇੱਥੇ ਦੇ 16 ਇਲੈਕਟੋਰਲ ਵੋਟਸ ਆ ਜੀ, 16 ਵੋਟਾਂ ਨੇ। ਤੇ ਆਪਣੇ ਅਗਲੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰ ਲੈਂਦੇ ਆ। ਮਨਜੀਤ ਜੀ ਜੁੜੇ ਨੇ। ਹਾਂਜੀ ਮਨਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਭਾਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ। ਕੈਲੀਫੋਰਨੀਆ ਦਾ ਦੇਖੋ ਜੀ, ਇਲੈਕਸ਼ਨ ਕਲੋਜ਼ ਹੋਇਆ 8 o'clock, 8:01 ਤੇ ਉਹਨਾਂ ਨੇ ਕਮਲਾ ਹੈਰਿਸ ਨੂੰ ਡਿਕਲੇਅਰ ਕਰਤਾ ਜੀ। ਨਹੀਂ ਜੀ, 8 ਵਜੇ ਹੀ ਕਰਤਾ ਸੀ, 8:01 ਤਾਂ ਹੋਣ ਨਹੀਂ ਦਿੱਤਾ ਉਹਨਾਂ ਨੇ। ਅੱਛਾ ਜੀ, ਹਾਂਜੀ। ਤੇ ਉਧਰੋਂ ਜਿਹੜਾ ਐਡਮ ਸ਼ਿਪ ਸੀਗਾ ਉਹ ਸੈਨੇਟਰ ਜੈਨ ਫੈਸਲਾ ਦੀ ਥਾਂ ਤੇ ਉਹਨੂੰ 8:02 ਤੇ ਕਰਤਾ। ਹਾਂਜੀ, ਇਹ ਹੋਣਾ ਹੀ ਸੀਗਾ ਜੀ, ਇਹ ਇਵੈਂਚੁਅਲੀ ਇਸ ਪਾਸੇ ਵੱਲ ਨੂੰ ਹੀ ਹੋ ਜਾਣਾ ਜੀ। ਯਾ ਦੇਖ ਲਓ, ਵੋਟਾਂ ਦੀ ਕਦਰ ਤਾਂ ਨਹੀਂ ਨਾ, ਬਿਨਾਂ ਗਿਣੇ ਤੋਂ ਕਰਤਾ ਨਾ। 1% ਵੀ ਕਾਊਂਟ ਨਹੀਂ ਹੋਈ ਤੇ ਵਿਨਰ ਡਿਕਲੇਅਰ ਹੋ ਗਿਆ। ਨਹੀਂ, ਇਹ ਦੇਖੋ ਪਤਾ ਕੀ ਆ, ਇਹ ਜੇ ਕੈਲੀਫੋਰਨੀਆ ਤੇ ਤੁਹਾਨੂੰ ਇਦਾਂ ਲੱਗਦਾ, ਇਦਾਂ ਹੋਰ ਬਹੁਤ ਸਾਰੀਆਂ
ਆਈਡਾਹੋ ਇਦਾਂ ਸੀ, ਮੌਂਟੈਨਾ ਇਦਾਂ ਸੀ, ਵਾਇਓਮਿੰਗ ਇਦਾਂ ਸੀ, ਡਕੋਟਾ ਇਦਾਂ ਸੀਗੀਆਂ, ਜਿਹੜੀਆਂ ਸਿੱਧੀਆਂ ਟਰੰਪ ਦੇ ਉਸੇ ਵੇਲੇ ਜਿਸ ਮਿੰਟ ਤੇ ਕਲੋਜ਼ ਹੋਈਆਂ ਉਹਦੇ ਹੱਕ 'ਚ ਚਲੇ ਗਈਆਂ, ਕਿਉਂਕਿ ਇੱਕ ਹਿਸਟੋਰਿਕ ਜਿਹੜੀ ਉਹ ਚੀਜ਼ ਹੁੰਦੀ ਆ ਉਹਦੇ ਕਰਕੇ ਉਹ ਕਰ ਦਿੰਦੇ ਆ, ਕਾਲ ਕਰ ਦਿੰਦੇ ਆ। ਪ੍ਰੋਜੈਕਸ਼ਨ ਕਰ ਰਹੇ ਆ, ਪਰ ਜਦੋਂ ਸਰਟੀਫਾਈ ਹੋਣੀ ਆ ਨਾ ਸਾਰੀਆਂ ਕਾਊਂਟ ਹੋ ਕੇ, ਜਿਹੜਾ ਕੈਲੀਫੋਰਨੀਆ ਹਾਂਜੀ ਐਗਜ਼ੈਕਟ ਨੰਬਰ ਸਾਈਨ ਹੋਣੇ ਆ, ਉਹ ਪੂਰੀਆਂ ਉਹਨਾਂ ਨੇ ਨਹੀਂ ਇਦਾਂ ਕਰਨੀਆਂ ਵੀ ਹੋ ਗਈਆਂ। ਹਾਂ ਉਹ ਅਜੇ ਉਹਨੂੰ ਵੀਕ ਤੱਕ ਵੀ ਜਿਹੜਾ ਉਹ ਲੱਗ ਜਾਣਾ, ਪੂਰੀ ਕੱਲੀ ਕਾਊਂਟ ਕਰਦੇ। ਜ਼ਰੂਰੀ ਉਹ ਤਾਂ ਹੁੰਦਾ ਹੈ ਨਾ, ਜਿਹੜਾ ਉਹ ਜਿੱਦਾਂ ਅਜੇ ਇਹਨਾਂ ਪ੍ਰੋਜੈਕਸ਼ਨ ਕਰਤਾ, ਜਿਹੜਾ ਉਹ ਮਾਨਤਾ ਦੇ ਬਰਾਬਰ ਉਹੀ ਹੋ ਜਾਂਦਾ ਹੈ। ਨਹੀਂ ਜੀ, ਇਲੈਕਸ਼ਨ ਕਮਿਸ਼ਨ ਨੂੰ ਤਾਂ ਹਫ਼ਤੇ ਨੂੰ ਆਉਣਾ ਕਿ 10 ਦਿਨਾਂ ਨੂੰ ਆਉਣਾ ਆ, ਟਾਈਮ ਲਿਮਟ ਹੁੰਦੀ ਮੇਰਾ ਖਿਆਲ ਉਹਦੀ। ਹਾਂਜੀ ਨਹੀਂ, ਅਸੀਂ ਬਹੁਤ ਵਾਰੀ ਭਾਈ ਸਾਹਿਬ ਆਪਾਂ ਦੇਖੀਆਂ ਵੋਟਾਂ ਪਈ, ਇੱਕ ਵਾਰੀ ਡਿਕਲੇਅਰ ਕਰ ਦਿੱਤਾ ਗਿਆ, ਪਰ ਬਾਅਦ ਦੇ ਵਿੱਚ ਜਦੋਂ ਉਹ ਬਹੁਤ ਥੋੜਾ ਫਰਕ ਸੀ, ਉਹ ਵੋਟ ਜਿਹੜੀ ਆ ਉਹ ਓਵਰਟਰਨ ਹੋ ਗਈ ਹੈ ਨਾ। ਬਹੁਤ ਕੈਂਡੀਡੇਟਸ ਦੀਆਂ ਦੇਖੀਆਂ ਆਪਾਂ, ਪਿਛਲੀ ਵਾਰੀ ਵੀ ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਬਹੁਤ ਥੋੜੀਆਂ ਵੋਟਾਂ ਦੇ ਫਰਕ ਨਾਲ ਆਈ ਥਿੰਕ ਅਲ ਗੋਰ ਤੇ ਜਿਹੜੇ ਬੁਸ਼ ਹੁਣਾਂ ਦੀ ਜਿਹੜੀ ਉਹ ਵੋਟ ਸੀਗੀ ਉਸ ਟਾਈਮ ਦੇ ਉੱਤੇ, ਉਹ ਵੀ ਹੈਂਗਿੰਗ ਚੈਟ ਵੇਲੇ ਵੀ ਸੀਗਾ ਜੀ। ਉਹ ਤਾਂ ਉਹਨਾਂ ਵਾਰੀ ਹੋਇਆ ਸੀ 10 ਮਿੰਟ ਤੋਂ ਬਾਅਦ। ਤੇ ਬਾਕੀ ਤਾਂ ਮੈਂ ਤਾਂ ਮੇਰੀ ਲਾਈਫ ਕਦੀ ਦੇਖਿਆ ਨਹੀਂ ਵੀ ਇਹ ਜੋ ਪ੍ਰੋਜੈਕਸ਼ਨ ਕਰਤੇ ਤੋਂ ਉਦੋਂ ਬਾਅਦ ਇਹਨਾਂ ਕਿਸੇ ਨੂੰ ਹਰਾਇਆ ਹੋਵੇ। ਤੁਸੀਂ ਇਹ ਵੀ ਦੇਖੋ ਨਾ, ਲਾਸਟ ਟਾਈਮ ਉਹਨਾਂ ਨੇ ਪ੍ਰੋਜੈਕਸ਼ਨ ਅਗਲੇ ਦਿਨ ਕੀਤੀ ਸੀ, ਉਸੇ ਦਿਨ ਨਹੀਂ ਸੀ ਕੀਤੀ। ਇਹ ਵੀ ਧਿਆਨ ਜਿਹੜੇ ਉਹ ਰੱਖਣ ਦੀ ਲੋੜ ਆ, ਕਾਲ ਨਹੀਂ ਕਰਦੇ। ਦੇਖੋ ਪ੍ਰੋਜੈਕਸ਼ਨ ਹੋਰ ਆ, ਜਿਹੜਾ ਕਨਫਰਮ ਕਰਨਾ ਵੀ ਹਾਂ ਜਿਹੜਾ ਉਸ ਤਰੀਕੇ ਦੇ ਨਾਲ ਆ, ਉਹ ਉਸੇ ਨੂੰ ਹੀ ਕਰਦੇ ਆ ਜਿਹਦੇ ਵਿੱਚ ਉਹਨਾਂ ਨੂੰ ਪੱਕਾ ਹੀ ਪਤਾ ਵੀ ਜਿਹੜਾ ਉਹ ਜਿੱਤ ਜਾਣਾ ਹੈ। ਅਸਲੀ ਕਨਫਰਮੇਸ਼ਨ ਤਾਂ ਉਹ ਹੀ ਹੈ ਨਾ ਜਿਹੜਾ ਇਲੈਕਸ਼ਨ ਕਮਿਸ਼ਨ ਕਰੂਗਾ। ਉਹ ਤਾਂ ਹੈ ਹੀ ਆ ਜੀ, ਉਹ ਤਾਂ 100 ਉਹ ਤਾਂ ਇਹੀ ਆ। ਇਹ ਜੋ ਮਰਜ਼ੀ ਪ੍ਰੋਜੈਕਸ਼ਨ ਕਰਨ, ਜਿੱਤੇ ਮੋਹਰ ਲੱਗ ਗਈ, ਜਿੱਤੇ ਉਹ ਸਾਈਨ ਹੋਏ, ਇਵੈਂਚੁਅਲੀ ਉਸੇ ਨੇ ਹੀ ਜਿੱਤਣਾ ਜੀ। ਬਿਲਕੁਲ ਜੀ, ਧੰਨਵਾਦ ਜੀ। ਜੀ ਹਾਂਜੀ, ਧੰਨਵਾਦ, ਥੈਂਕ ਯੂ ਮਨਜੀਤ ਜੀ, ਥੈਂਕ ਯੂ। ਥੈਂਕ ਯੂ ਜੀ। ਪ੍ਰਗਟ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਤੇ ਲੱਗਦਾ ਭਾਵੇਂ ਕੋਈ ਜਿੱਤੇ, ਪੰਜਾਬੀ ਰੇਡੀਓ ਵਾਲੇ ਤੁਸੀਂ ਤਿੰਨੇ ਭਾਈ ਜਿਹੜੇ ਸਰਦਾਰ ਇੱਕ ਮਿੰਟ ਦੀ ਸਾਰਾ ਸਾਲ ਖਬਰਾਂ ਦਿੰਦੇ ਜੇ, ਰੇਡੀਓ ਤੋਂ ਟੀਵੀ ਤੱਕ ਪਹੁੰਚ ਚੱਲੇ, ਸਮਝ ਲਓ ਤੁਹਾਡਾ ਸਾਡਾ ਪਰਿਵਾਰ ਸਾਰਾ ਜਿੱਤ ਗਿਆ। ਧੰਨਵਾਦ ਜੀ। ਤੁਸੀਂ ਵੀ ਸਾਡੇ ਪਰਿਵਾਰ ਦੇ ਜੀਓ ਜੀ, ਤੁਸੀਂ ਵੀ ਨਾਲ ਹੀ ਜਿੱਤੇ ਆ ਜੀ। ਮੈਂ ਪਹਿਲਾਂ ਕਿਹਾ ਜਿੰਨੇ ਵੀ ਰੇਡੀਓ ਨਾਲ ਟੀਵੀ ਨਾਲ ਜੁੜੇ ਸਾਰਾ ਪਰਿਵਾਰ ਹੀ ਹੈ ਜੀ, ਸੁਣਨ ਵਾਲਾ ਦੇਸ਼ਾਂ ਵਿਦੇਸ਼ਾਂ। ਬਿਲਕੁਲ ਜੀ। ਗੱਲ ਇਹ ਜੀ, ਤੁਸੀਂ ਦੱਸ ਰਹੇ ਜੇ ਸੰਜਮ ਸੰਤੋਖ, ਸਾਡੇ ਸਭ ਤੋਂ ਵੱਡੀ ਗੱਲ ਹੈ ਵੀ ਸਾਰੇ ਪਰਿਵਾਰ 'ਚ ਬਹਿ ਕੇ ਪੰਜਾਬੀ 'ਚ ਸੁਣਦੇ ਆ, ਤੇ ਆ ਜਿਹੜਾ ਮਾੜਾ ਮੋਟਾ ਟੇਕੜ ਇੱਕ ਕਰਦੇ ਆ ਕਮੈਂਟਸ, ਤੁਸੀਂ ਵੀ ਦੱਸ ਦਿੱਤਾ, ਇਹਨਾਂ ਨੂੰ ਸੰਜਮ 'ਚ ਸੰਤੋਖ 'ਚ ਰਹਿਣਾ ਪੈਣਾ। ਸਾਡੇ ਤੁਹਾਡੇ ਵਾਸਤੇ ਦੀ ਗੱਲ ਨਹੀਂ, ਇਹ ਸਾਰੇ ਇੰਨੇ ਵੋਟਰਾਂ ਦੀ ਗੱਲ ਹੈ, ਕਰੋੜਾਂ ਬੰਦਿਆਂ ਦੀ। ਬਿਲਕੁਲ ਜਿੱਤਾਂ ਆਉਂਦੀਆਂ ਰਹਿੰਦੀਆਂ, ਜਿਹੜਾ ਵੀ ਜਿੱਤ ਗਿਆ ਉਹ ਸਾਰਾ ਆਪਣਾ ਹੀ ਹੋਣਾ ਬਾਅਦ 'ਚ। ਤੇ ਹੈ ਨਹੀਂ ਉੱਥੇ ਵਾਂਗੂ ਵੀ ਇਹ ਫਲਾਣੇ ਦਾ ਫਲਾਣਾ ਵਾ ਤੇ ਢੀਂਗੜੇ ਦਾ ਢੀਂਗੜਾ ਵਾ। ਤੇ ਜਦੋਂ ਤੁਹਾਡੀਆਂ ਰੂਹਾਂ ਵੇਖੀ ਦਾ, ਸਾਨੂੰ ਤੇ ਜਾਪਦਾ ਵੀ ਜਿਹੜਾ ਖਾਲਿਸਤਾਨ ਦੀ ਮੰਗ ਕਰਦੇ ਆ ਉਹ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ, ਤੇ ਤੁਹਾਡੀਆਂ ਸ਼ਕਲਾਂ ਵੇਖ ਕੇ ਤਾਂ ਐਵੇਂ ਲੱਗਦਾ ਵੀ ਅਸੀਂ ਵੀ ਵਿੱਚ ਸ਼ਾਮਲ ਹੋ ਗਏ ਦੁਨੀਆ ਦੀ। ਧੰਨਵਾਦ ਤੁਹਾਡਾ ਜੀ। ਧੰਨਵਾਦ। ਕਮਲਾ ਹੈਰਿਸ ਨੂੰ ਓਰੇਗਨ ਸਟੇਟ ਜਿਹੜੀ ਆ ਪ੍ਰੋਜੈਕਟ ਕਰਕੇ ਜਿਹੜੀ ਉਹਨਾਂ ਨੂੰ ਦੇ ਦਿੱਤੀ ਗਈ ਹੈਗੀ ਜੀ। ਉਹਨਾਂ ਦੀਆਂ ਜਿਹੜੀਆਂ 8 ਜਿਹੜੀਆਂ ਵੋਟਸ ਆ, ਉਹ ਉਹਨਾਂ ਦੀਆਂ ਝੋਲੀ ਜਿਹੜੀਆਂ ਪਈਆਂ। ਸੋ 230 ਟਰੰਪ ਤੇ 187 ਜਿਹੜੀ ਕਮਲਾ ਹੈਰਿਸ ਆ, ਉਸ ਦੇ ਉੱਤੇ ਜਿਹੜਾ ਉਹ ਚੱਲ ਰਹੇ ਹੈਗੇ ਆ ਜੀ। ਤੇ 270 ਚਾਹੀਦੀਆਂ, ਜਿਹੜਾ ਵੀ 270 ਲੈ ਗਿਆ ਉਹ ਵਿਨ ਕਰ ਜਾਊਗਾ। ਟਰੰਪ ਉਹਨਾਂ ਨੂੰ 40 ਇਲੈਕਟਰਲ ਵੋਟਸ ਹੋਰ ਚਾਹੀਦੀਆਂ ਹੈਗੀਆਂ ਜੀ। ਬਿਲਕੁਲ, ਜਿਹੜੀਆਂ ਟਾਸ ਅਪ ਹਰਜੋਤ ਸਿੰਘ ਜੀ, ਜਿਹੜੀਆਂ ਟਾਸ ਅਪ ਸਟੇਟਸ ਦੇ ਵਿੱਚੋਂ 93 ਕੁੱਲ ਜਿਹੜੀਆਂ ਸੀਗੀਆਂ ਸੀਟਾਂ, ਜਿਹੜੀਆਂ ਇਲੈਕਟਰਲ ਕਾਲਜ ਦੀਆਂ ਜਿਹੜੀਆਂ ਵੋਟਸ ਆ 93 ਸੀਗੀਆਂ। ਐਰੀਜ਼ੋਨਾ, ਨਵਾਡਾ, ਵਿਸਕੌਨਸਨ, ਮਿਸ਼ੀਗਨ, ਪੈਂਸਿਲਵੇਨੀਆ ਤੇ ਜਾਰਜੀਆ ਅਜੇ ਵੀ ਇਹ ਟਾਸ ਅਪ ਆ। ਇਹਨਾਂ ਨੂੰ ਕੋਈ ਵੀ ਜਿਹੜਾ ਉਹ ਐਲਾਨ ਨਹੀਂ ਕਰ ਰਿਹਾ, ਚਾਹੇ ਉਹ ਐਸੋਸੀਏਟ ਪ੍ਰੈਸ ਆ, ਚਾਹੇ ਉਹ ਨਿਊਯਾਰਕ ਟਾਈਮ ਆ, ਚਾਹੇ ਉਹ ਵਾਸ਼ਿੰਗਟਨ ਪੋਸਟ ਆ, ਚਾਹੇ ਕੋਈ ਹੋਰ ਆ। ਉਹਨਾਂ ਨੇ ਕਿਸੇ ਨੇ ਵੀ ਅਜੇ ਇਸ ਦਾ ਐਲਾਨ ਜਿਹੜਾ ਉਹ ਨਹੀਂ ਕੀਤਾ ਵੀ ਕਿਹੜੇ ਪਾਸੇ। ਹਾਂ, ਆਪਾਂ ਇਹ ਤੁਹਾਨੂੰ ਦੱਸ ਰਹੇ ਹਾਂ ਕਿੱਥੇ ਕੌਣ ਲੀਡ ਕਰ ਰਿਹਾ, ਕਿੱਥੇ ਕੋਈ ਅੱਗੇ ਹੋ ਗਿਆ, ਕਿੱਥੇ ਕੋਈ ਜਿਹੜਾ ਉਹ ਪਿੱਛੇ ਜਿਹੜਾ ਹੋ ਗਿਆ ਆ, ਪਰ ਇਸ ਨੂੰ ਕਾਲ ਜਿਹੜਾ ਉਹ ਅਜੇ ਤੱਕ ਵੀ ਨਹੀਂ ਜਿਹੜਾ ਉਹ ਕੀਤਾ ਗਿਆ ਹੈਗਾ। ਸੋ ਇਹ ਚੀਜ਼ ਜਿਹੜੀ ਉਹ ਸਮਝਣ ਦੀ ਆਪਾਂ ਸਾਰਿਆਂ ਨੂੰ ਨਾਲ ਦੇ ਨਾਲ ਇਸ ਚੀਜ਼ ਦੇ ਵਿੱਚ ਜ਼ਰੂਰਤ ਆ। ਐਸੋਸੀਏਟਡ ਪ੍ਰੈਸ ਅੱਜ ਤਾਂ ਨਹੀਂ, ਕੱਲ ਤੋਂ ਜਿਹੜਾ ਆ ਉਹ ਕਰ ਰਿਹਾ ਆ। ਟਰੰਪ ਹੁਣਾਂ ਦੀ ਜਿਹੜੀ ਵਾਚ ਪਾਰਟੀ ਆ ਨਾਰਥ ਕੈਰੋਲੀਨਾ ਦੇ ਵਿੱਚ, ਜਦੋਂ ਰਿਪਬਲਿਕਨਸ ਦੇ ਲਈ ਕਾਲ ਕੀਤੀ ਗਈ ਤਾਂ ਟਰੰਪ ਹੁਣਾਂ ਦਾ ਉਹ ਨਾਰਾ ਕਹਿੰਦੇ ਵੀ ਉੱਥੇ ਗੂੰਜਿਆ ਜਦ ਉਹਨਾਂ ਦੇ ਗੋਲੀ ਲੱਗਣ ਤੋਂ ਬਾਅਦ ਉੱਠ ਕੇ ਫਾਈਟ 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 ਜਿਹੜਾ ਉਹ ਆਖਿਆ ਸੀਗਾ। ਸੋ ਉਸ ਦਾ ਪ੍ਰਭਾਵ ਵੀ ਜਿਹੜੀਆਂ ਵੋਟਾਂ ਦੇ ਉੱਤੇ ਜਿਹੜਾ ਅਸੈਸੀਨੇਸ਼ਨ ਅਟੈਂਪਟ ਸੀ ਟਰੰਪ ਹੁਣਾਂ ਦੇ ਜਾਨ ਦੇ ਉੱਤੇ ਹੋਇਆ, ਉਸ ਦਾ ਵੀ ਅਸਰ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਇੱਥੇ ਮਿਲ ਰਿਹਾ ਹੈਗਾ ਆ।
ਕੈਲੀਫੋਰਨੀਆ ਦੇ ਇਲੈਕਸ਼ਨ ਰਿਜ਼ਲਟ ਆਣੇ ਸ਼ੁਰੂ ਹੋ ਗਏ ਹੈਗੇ ਆ। US ਹਾਊਸ ਰਿਪਰੈਜ਼ੈਂਟੇਟਿਵ ਡਿਸਟ੍ਰਿਕਟ 22 ਜਿੱਥੋਂ ਡੇਵਿਡ ਵਲਡਾਓ ਜਿਹੜੇ ਕਾਂਗਰਸਮੈਨ ਜਿਹੜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਮਤਾ ਲੈ ਕੇ ਆਏ ਆ, ਹਜੇ 10.7% ਵੋਟਾਂ ਕਾਊਂਟ ਹੋਈਆਂ, ਸੋ ਉੱਪਰ ਜਾ ਰਿਹਾ। ਉਹਨਾਂ ਕੋਲ 15,933 ਵੋਟਾਂ ਆ। ਰੂਡੀ ਸਾਲਸ ਉਹਨਾਂ ਦੇ ਕੋਲ 11,325 ਵੋਟਾਂ ਜੀ। ਆਪਣੇ ਅਗਲੇ ਕਾਲਰ ਨੇ ਦੇਵ ਘੋਲੀਆ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ, ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤਿੰਨੇ ਸਰਦਾਰ ਜੀ ਬੈਠੇ ਆ, 2 ਸਾਲ ਦਾ ਮੈਂ ਤੁਹਾਡੇ ਮਗਰ ਪਿਆ। ਬਹੁਤ ਸੋਹਣਾ ਪ੍ਰੋਗਰਾਮ ਸੁਣ ਰਿਹਾ, ਹਰ ਰੋਜ਼ ਹੀ ਸੁਣਦਾ ਜੀ। ਧੰਨਵਾਦ ਭਾਈ ਜੀ, ਧੰਨਵਾਦ ਭਾਈ ਬਹੁਤ ਤਕੜੀ ਕਵਰੇਜ ਕਰ ਰਹੇ ਆ। ਤੇ ਬਾਕੀ ਮੈਂ ਦੱਸਣਾ ਵੀ ਮੈਂ ਟਰੰਪ ਨੂੰ ਵੋਟ ਪਾ ਕੇ ਆਇਆ, ਉਹਦੇ ਕਾਰਨ ਵੀ ਦੱਸੂਗਾ ਕਿਉਂ ਉਹਨੂੰ ਜਿੱਤਣਾ ਚਾਹੀਦਾ। ਜੀ ਜੀ ਜੀ। ਹਾਂ, ਉਹ ਮੈਂ ਆਪਣੇ ਵਿਚਾਰ ਦੱਸਣਾ ਚਾਹੁੰਦਾ ਵੀ ਇੱਕ ਤਾਂ ਇਮੀਗ੍ਰੇਸ਼ਨ ਦਾ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ। ਲੱਖਾਂ ਕਰੋੜਾਂ ਬੰਦੇ ਬਾਰਡਰ ਟੱਪ ਕੇ ਆ ਗਏ, ਕ੍ਰਿਮੀਨਲ ਬੰਦੇ ਆ ਗਏ। ਟਰੰਪ ਦੇ ਵਿੱਚ ਬਹੁਤ ਵੱਡੀ ਜ਼ਰੂਰਤ ਆ, ਉਹਨੇ ਕੰਟਰੋਲ ਕਰ ਜਾਣਾ। ਦੂਜੀ ਗੱਲ ਇਹ ਆ, ਮੈਂ ਇਹ ਤੇ 2 ਲੜਾਈਆਂ ਹੋਈਆਂ ਨਾ, ਯੂਕਰੇਨ ਦੀ ਤੇ ਆਪਣੇ ਇਜ਼ਰਾਈਲ ਦੀ। ਇਹ ਬੰਦਾ ਬਾਈਡਨ ਨਾਲ ਕਿਸੇ ਪਾਸੇ ਸਿਰੇ ਨਹੀਂ ਲਾ ਸਕਿਆ, ਨਾ ਬੰਦ ਕਰਾ ਸਕਿਆ ਤੇ ਨਾ ਉਹਨੂੰ ਅੱਗੇ ਚਾਲੂ ਕਰ ਸਕਦਾ। ਇਹ ਬਹੁਤ ਵੱਡਾ ਨੁਕਸ ਸੀ। ਇਹ ਬੰਦਾ ਖੁੱਲ ਕੇ ਗੱਲ ਕਰਨ ਵਾਲਾ ਹੈ ਨਹੀਂ ਸੀਗਾ ਡੈਮੋਕ੍ਰੇਟ ਕੋਈ ਬੰਦਾ। ਨਾਲੇ ਤੀਜੀ ਗੱਲ ਬਾਈ ਜੀ, ਜਿਹੜੀ ਜਨਾਨੀ ਆ ਨਾ, ਜਿੱਥੇ ਜਨਾਨੀ ਪ੍ਰੈਜ਼ੀਡੈਂਟ ਆ ਗਈ, ਪ੍ਰਾਈਮ ਮਿਨਿਸਟਰ ਆ ਗਈ, ਉਹ ਆਪਣੇ ਆਪਣੇ ਮੁਲਕਾਂ ਨੂੰ ਤਬਾਹ ਕਰਕੇ ਗਈਆਂ। ਬਹੁਤ ਸਾਰੇ ਜਿਹੜੇ ਮੁਲਕ ਹੈਗੇ ਆ ਨਾ, ਉਹਨਾਂ ਦੇ ਲੇਡੀਜ਼ ਜਿਹੜੀਆਂ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ, ਤੁਸੀਂ ਏਦਾਂ ਨਹੀਂ ਕਰ ਸਕਦੇ। ਐਗਜ਼ਾਮਪਲ ਲੈ ਲਓ। ਨਹੀਂ ਜੀ ਭਾਈ ਜੀ, ਇੰਦਰਾ ਗਾਂਧੀ ਤਬਾਹ ਕਰਕੇ ਗਈ ਹੈ, ਭੰਡਾਰਾ ਨਾਇਕੇ, ਥੈਚਰ ਤਬਾਹ ਕਰਕੇ ਗਈਆਂ। ਨਾਲੇ ਇਹ ਜਿਹੜੀ ਜਨਾਨੀ ਹੁੰਦੀ ਉਹ ਐਡੇ ਵੱਡੇ ਮੁਲਕ ਨੂੰ ਕੰਟਰੋਲ ਨਹੀਂ ਕਰ ਸਕਦੀ। ਇਹਨੂੰ ਜਿੱਤਣਾ ਨਹੀਂ ਚਾਹੀਦਾ, ਆਪਾਂ ਇਹਨੂੰ ਹਰਾਉਣਾ ਹੈ ਜੀ। ਬਿਲਕੁਲ ਤੁਹਾਨੂੰ ਮੈਂ ਦੱਸਦਾ ਵੀ ਠੀਕ ਆ, ਪਰ ਜਿਹੜੀ ਤੁਸੀਂ ਲੇਡੀ ਦੇ ਮਾਮਲੇ 'ਚ ਕਹਿੰਦੇ ਬਿਆਨਬਾਜ਼ੀ ਤੁਸੀਂ ਨਹੀਂ, ਉਹ ਠੀਕ ਆ। ਇੰਦਰਾ ਗਾਂਧੀ ਮਾੜੀ ਸੀ, ਉਹ ਥੈਚਰ ਉਹਦੀ ਭੈਣ ਸੀਗੀ, ਦੋਨਾਂ ਨੇ ਨੁਕਸਾਨ ਕੀਤਾ ਸਾਡਾ ਵੀ, ਸਿੱਖਾਂ ਦਾ। ਪਰ ਚੰਗੇ ਬਹੁਤ ਜ਼ਿਆਦਾ ਕੀਤਾ। ਮੁੜ ਕੇ ਬੇਨਜ਼ੀਰ ਭੁੱਟੋ ਨੇ ਵੀ ਉਹ ਤੋਂ ਕੰਟਰੋਲ ਨਹੀਂ ਹੋਇਆ, ਨਾ ਉਹਨੇ ਮੁੜ ਕੇ ਆਉਣ ਦੇਣਾ ਜਨਾਨੀ ਨੂੰ। ਜਨਾਨੀ ਕੰਟਰੋਲ ਨਹੀਂ ਕਰ ਸਕਦੀ ਹੁੰਦੀ, ਕਿ ਬੰਦਾ ਹੀ ਕਰ ਸਕਦਾ। ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਵੀ ਇਹ ਜਿਹੜਾ ਡੈਮੋਕ੍ਰੇਟ ਨੇ ਬਹੁਤ ਨੁਕਸਾਨ ਕੀਤਾ। ਬਿਲਕੁਲ ਇਹ ਬੰਦੇ ਖੁੱਲ ਕੇ ਕਰ ਲੜਾਈਆਂ ਤਾਂ ਖਤਮ ਹੀ ਨਹੀਂ ਹੋਈਆਂ। ਵੇਲੋ ਹਜੇ ਯੂਕਰੇਨ ਦੀ ਖਤਮ ਹੋਈ, ਇਹ ਸੁਪਰ ਪਾਵਰ ਇਹ ਖਤਮ ਕਰ ਸਕਦੀ ਸੀ, ਕਿਸੇ ਇਜ਼ਰਾਈਲ ਦੀ ਖਤਮ ਕੀਤੀ। ਹੁਣ ਤੁਸੀਂ ਦੱਸੋ, ਪਹਿਲਾਂ ਮੇਰੇ ਕੋਲ ਸਵਾਲ ਤੁਹਾਨੂੰ ਹੈ। ਬਿਲਕੁਲ ਨਹੀਂ, ਉਹ ਤਾਂ ਦੇਖੋ ਜੇ ਟਰੰਪ ਆ ਗਿਆ, ਹੁਣ ਵੀ ਇਜ਼ਰਾਈਲ ਦੀ ਪੂਰੀ ਸਪੋਰਟ ਕਰਨੀ, ਹੁਣ ਤਾਂ ਬਲਕਿ ਇਹਨਾਂ ਨਾਲੋਂ ਜ਼ਿਆਦਾ ਕਰਨੀ। ਉਹਨੇ ਇੱਕ ਪਾਸਾ ਕਰ ਦੇਣੇ, ਇਹ ਤਾਂ ਅੱਗੋਂ ਸਪੋਰਟ ਇਰਾਨ ਨੂੰ ਕਿੰਨਾ ਬੰਬ ਸਿੱਟੋ, ਫਲਾਨਾ ਸਿੱਟੋ। ਇਹ ਤਾਂ ਖਤਮ ਕਰਨਾ ਚਾਹੀਦੀ, ਸੁਪਰ ਪਾਵਰ ਖਤਮ ਕਰਦੀ ਇਹਨਾਂ ਨੇ। ਜਦੋਂ ਸੀਗਾ ਬੁਸ਼ ਸੀਗਾ ਤੇ ਉਹਨਾਂ ਨੇ ਕਿਵੇਂ ਬੰਦ ਕਰਤੀ ਸੀ, ਰਿਪਬਲਿਕਨ ਨੇ, ਸਦਾਮ ਹੁਸੈਨ ਨੇ ਇੱਕ ਪਾਸਾ ਕਰਤਾ ਸੀ ਨਾ ਭਾਈ। ਤੁਸੀਂ ਹੁਣ ਦੱਸੋ, ਸਦਾਮ ਹੁਸੈਨ ਦਾ ਇੱਕ ਪਾਸਾ ਕਰਤਾ ਸੀ ਉਹਨੇ। ਇਹ ਤਾਂ ਹੋਇਆ ਨਹੀਂ ਗਾ ਡੈਮੋਕ੍ਰੇਟ, ਉਹ ਰਿਪਬਲਿਕਨ ਸੀਗਾ ਬੁਸ਼। ਮੈਂ ਇੱਥੋਂ 40 ਸਾਲ ਤੋਂ ਰਹਿਣਾ ਬਾਈ ਜੀ, ਮੈਂ ਤੁਹਾਨੂੰ ਦੱਸਦਾ, ਮੈਂ ਬਹੁਤ ਪੋਲੀਟਿਕਸ ਹਿੱਸਾ ਲੈਣਾ। ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀਆਂ ਘਾਟਾਂ ਨਾ, ਹੁਣ ਜਿਨ੍ਹਾਂ ਬੰਦਿਆਂ ਨੇ ਟਰੰਪ ਨੂੰ ਵੋਟਾਂ ਪਾਈਆਂ, ਉਹਨਾਂ ਦਾ ਧੰਨਵਾਦ ਕਰਦਾ। ਥੈਂਕ ਯੂ ਤੁਹਾਡਾ। ਮਿਹਰਬਾਨੀ ਵੀਰ ਜੀ, ਸ਼ੁਕਰੀਆ ਜੀ। ਅਗਲੇ ਕਾਲਰ ਨੇ ਰਾਜ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਾਂ ਮੰਨ ਲਓ ਜਿੱਦਾਂ ਹੁਣ ਕਮਲ ਮੰਨ ਲਓ 220 ਲੈ ਗਈ ਆ, ਤੇ ਉਧਰ ਚਾਚਾ ਸਾਡਾ ਲੈ ਗਿਆ 240 ਸੀਟਾਂ। ਤੇ ਉਹ ਜਿੱਦਾਂ ਫਿਰ ਹੁਣ ਮੰਨ ਲਓ ਜਿਹੜੀ ਕੈਲੀਫੋਰਨੀਆ 53, ਉਹ ਜੇ ਮੰਨ ਲਓ ਚਾਚੀ ਕਮਲਾ ਦੇ 220 ਹੋ ਗਏ ਤਾਂ ਉਹ 50 ਸਿੱਧੀਆਂ। ਨਹੀਂ, ਉਹ ਆਲਰੇਡੀ ਐਡਿਡ ਹੀ ਆ ਜੀ ਵਿੱਚ ਉਹਦੇ 200। ਉਹ ਐਡਿਡ ਆ ਜੀ, ਉਹ ਐਡਿਡ ਆ, ਆਲਰੇਡੀ ਐਡ ਕਰਤੀਆਂ। ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ ਆਲਰੇਡੀ ਹੈਰਿਸ ਕੋ ਚਲ ਗਏ, ਐਡ ਕਰਕੇ ਹੀ ਉੱਥੇ ਪਹੁੰਚੇ। 192 ਆ, ਟਰੰਪ ਕੋ 230 ਆ। ਟਰੰਪ ਨੂੰ 40 ਚਾਹੀਦੀਆਂ ਆ ਤੇ ਕਮਲਾ ਹੈਰਿਸ ਨੂੰ ਚਾਹੀਦੀਆਂ ਹੈਗੀਆਂ 78। ਉਹ ਚ ਸਾਡੇ ਇੱਥੇ 2 ਪਿੰਡੂ ਆ ਬਾਰਡਰ ਦੇ ਕੰਧ ਦੇ ਨਾਲ ਹੀ, ਉੱਥੇ ਵੇਟ ਹੀ ਕਰਦੇ ਆ। ਕਹਿੰਦੇ ਚਾਚੀ ਕਮਲ ਆ ਜਾਵੇ, ਦੇਖ ਥਾਪੀਆਂ ਕਿੱਦਾਂ ਅਸੀਂ ਮਾਰਦੇ, ਦੇ ਅੰਦਰ ਬਣਨ ਤੋਂ ਪਹਿਲਾਂ ਦੇਖੀ ਕਿੱਦਾਂ ਅਸੀਂ ਥਾਪੀਆਂ ਮਾਰਨੀਆਂ। ਉਹ ਮੈਂ ਕਿਹਾ ਭਰਾਵਾ ਲਿਆ ਲੈਂਦੇ, ਵੋਟਾਂ ਤੂੰ ਤਾਂ ਹਾਲੇ ਬਾਰਡਰ ਵੀ ਨਹੀਂ ਟੱਪਿਆ, ਜਦੋਂ ਤੂੰ ਐਂਟਰ ਹੋ ਗਿਆ ਇਹ ਪਤਾ ਨਹੀਂ ਕੀ ਕਰੂਗਾ। ਇਹ ਦੇਖੋ, ਆਪਾਂ ਸਵੇਰੇ ਖਬਰ ਸਾਂਝੀ ਕੀਤੀ ਸੀ ਵੀ ਕੈਰਾਵੈਨ ਵੀ ਤੁਰਿਆ ਆ ਸਦਰਨ ਸਾਈਡ ਤੋਂ, ਪਈ ਆ ਵੋਟਾਂ ਵਾਲੇ ਦਿਨਾਂ 'ਚ ਲੰਘ ਜਾਈਏ। ਜੇ ਕਿਤੇ ਟਰੰਪ ਆ ਗਿਆ ਤਾਂ ਮੁੜ ਕੇ ਫਿਰ ਪੂਰੀ ਸਖਤੀ ਹੋ ਜਾਣੀ ਆ। ਜੀ ਜੀ, ਉਹੀ ਮਤਲਬ ਦੇਖੋ, ਲੋਕ ਆਧਾਰ ਦੇ ਪੈਸੇ ਲੈ ਲੈ, ਚਲੋ ਕਹਿਣਾ ਤਾਂ ਨਹੀਂ ਗਰੀਬੀ ਸਾਰੇ ਤੇ ਆਉਂਦੀ, ਵੀ ਸ਼ਰਮ ਕਰੋ। ਆ ਨਵੇਂ ਸ਼ਲਾਰੂ, ਇਹਨਾਂ ਨੂੰ ਕੋਈ ਥੋੜੀ ਬਹੁਤੀ ਸ਼ਰਮ ਵੀ ਨਹੀਂ ਆਉਂਦੀ ਵੀ ਤੁਸੀਂ ਪੰਜਾਬੀ ਰੇਡੀਓ USA ਥੋੜਾ ਸੁਣਿਆ ਕਰੋ, ਤੁਹਾਨੂੰ ਨੌਲੇਜ ਆਵੇ। ਮਤਲਬ ਕੀ ਤੁਸੀਂ ਐਂਟਰ ਕਰਕੇ ਕੀ ਤੁਸੀਂ ਉੱਥੇ 40 ਲੱਖ ਲਾ ਗਏ ਨੇ, ਇੱਥੇ ਫਿਰ ਬਾਅਦ ਚ ਟੈਕਸੀਆਂ ਲੈ ਕੇ ਸਾਊਥ ਇੰਡੀਅਨ ਇੰਜੀਨੀਅਰ ਨੂੰ ਤੁਸੀਂ ਚੱਕਦੇ ਬੋਰਡ ਲੈ ਕੇ ਖੜੇ ਹੋ ਕੇ। ਤੁਸੀਂ ਥੋੜਾ ਪੜ੍ਹੋ ਤਾਂ ਸਹੀ, ਕੋਈ ਤੁਹਾਨੂੰ ਤਾਂ 40 ਲੱਖ ਲਾ ਕੇ ਪੜ੍ਹ ਲੈਂਦੇ, ਤੁਹਾਨੂੰ ਹਾਰਵਰਡ ਯੂਨੀਵਰਸਿਟੀ ਨੇ ਇੱਥੇ ਦੇ ਦੇਣਾ ਸੀ।
ਮਤਲਬ ਉਹੀ ਇਹ ਲੋਕਾਂ ਨੂੰ ਸਾਡੀ ਜਨਰੇਸ਼ਨ ਨੂੰ ਮਤਲਬ ਸ਼ਰਮ ਆਉਂਦੀ ਕਿ ਕੋਈ ਵੀ ਨਹੀਂ ਸਿਆਣਾ ਨਿਕਲਦਾ ਪਿਆ। ਇਹ ਮੈਂ ਇਹਨਾਂ ਨੂੰ ਦੱਸਦਾ ਹੀ ਇਹਦੇ ਫੈਮਿਲੀ ਨੂੰ ਵੀ ਉੱਥੇ ਸਾਡੇ ਬਣੇ ਵੀ ਤੁਸੀਂ ਥੋੜਾ ਰੇਡੀਓ ਵੀ ਸੁਣਿਆ ਕਰੋ, ਥੋੜਾ ਪਤਾ। ਹੁਣ 1 ਮਿੰਟ ਲਾ ਕੇ ਨਾ ਸੁਣਿਓ ਧਿਆਨ ਨਾਲ। ਇਦਾਂ ਨਹੀਂ ਸਾਰੇ ਦੇਖੋ, ਤੁਹਾਡੇ ਸਾਹਮਣੇ ਰਾਜਕਨਵੀਰ ਸਿੰਘ ਬੈਠਾ ਨਾ, ਇਹ ਮਾਸਟਰਸ ਕਰਨ ਆਇਆ ਇਲੈਕਟ੍ਰੀਕਲ ਇੰਜੀਨੀਅਰਿੰਗ ਚ, ਸੈਨੋਜੇ ਸਟੇਟ ਯੂਨੀਵਰਸਿਟੀ ਤੋਂ ਇਹ ਮਾਸਟਰਸ ਕੀਤੀ ਹੈ ਨਾ, ਤੇ 2010 ਚ ਆਇਆ ਸੀ ਤੇ 2012 ਤੇ ਚਲੋ ਇਹ ਕਹਿੰਦਾ ਵੀ ਮੈਂ ਇੰਜੀਨੀਅਰਿੰਗ ਦੀ, ਹੁਣ ਸਾਡੇ ਜਨਰਲ ਮੈਨੇਜਰ ਇਹੀ ਆ ਪੰਜਾਬੀ ਰੇਡੀਓ USA ਤੇ। ਦੂਸਰੇ ਨੰਬਰ ਤੇ ਹਰਵਿੰਦਰ ਸਿੰਘ ਨੂੰ ਤੁਸੀਂ ਦੇਖ ਰਹੇ ਹੋ, ਇਹ ਲਗਭਗ ਸੇਮ ਕਲਾਸ ਫੈਲੋ ਹੀ ਆ, ਇਹਨਾਂ ਨੇ ਵੀ ਮਾਸਟਰਸ ਇੰਜੀਨੀਅਰਿੰਗ ਕੀਤੀ ਸੈਨੋਜੇ ਸਟੇਟ ਯੂਨੀਵਰਸਿਟੀ ਤੋਂ, ਇਹ ਹੁਣ ਡਾਇਰੈਕਟਰ ਆ ਵੈਸਟਰਨ ਡਿਜੀਟਲ ਕੰਪਨੀ ਚ। ਸੋ ਇਦਾਂ ਨਹੀਂ ਹੈ, ਬੰਦੇ ਤੁਹਾਡੇ ਸਾਹਮਣੇ ਹੀ ਆ, ਪੰਜਾਬ ਤੋਂ ਹੀ ਆਏ ਆ। ਸੋ ਇਹ ਨਹੀਂ, ਆਪਾਂ ਸਾਰਿਆਂ ਨੂੰ ਨਹੀਂ ਜਨੈਰਿਕ ਕਹਿ ਸਕਦੇ ਹੈਗੇ। ਹਾਂਜੀ ਸਰ ਜੀ, ਉਹ ਤਾਂ ਮੈਂ ਚਲੋ ਮੰਨਦਾ, ਗੱਲ ਇਹ ਆ ਕਿ ਪਰ ਇਹ ਲੋਕਾਂ ਨੂੰ ਤੁਸੀਂ ਫੇਮਸ ਕਦੇ ਨਹੀਂ ਕਰਦੇ ਕਿ ਆਈਡਲ ਬਣਨ, ਇਹ ਲੋਕ ਆਈਡਲ ਬਣਨ। ਤੁਹਾਡੇ ਸਾਹਮਣੇ ਆ, ਦੇਖੋ ਦੋਨੋਂ ਹੀ ਆ, ਨਾਲੇ ਦੋਨੋਂ ਸਰਦਾਰ ਬੈਠੇ ਆ। ਕਈ ਵਾਰ ਅਸੀਂ ਬਹਾਨਾ ਲਾ ਦਿੰਦੇ ਵੀ ਸਾਨੂੰ ਜੌਬ ਨਹੀਂ ਮਿਲਦੀ ਜੀ ਪੱਗ ਦੇ ਨਾਲ, ਹਨਾ, ਤੇ ਚੰਗੀਆਂ ਪੋਜੀਸ਼ਨਾਂ ਤੇ ਬੈਠੇ ਆ। ਸੋ ਹੈਗੇ ਆ, ਸੋ ਏਦਾਂ ਆਪਾਂ ਜਨੈਰਿਕ ਨਹੀਂ ਕਰ ਸਕਦੇ ਜਿੱਦਾਂ ਪਹਿਲੇ ਭਾਈ ਸਾਹਿਬ ਬੀਬੀਆਂ ਬਾਰੇ ਕਹਿ ਗਏ। ਸੋ ਸੋਚੇ ਦੇਖੋ, ਆਪ ਸੋ ਕੇ ਮੰਦਾ ਆਖੀਏ ਜਿਤ ਜੰਮੇ ਰਜਾਨ। ਸੋ ਆਪਾਂ ਸਿੱਖਾਂ ਨੂੰ ਨਹੀਂ ਏਦਾਂ ਫਰਕ ਰੱਖਣਾ ਚਾਹੀਦਾ ਹੈਗਾ। ਹਾਂ, ਇਹ ਗੱਲ ਠੀਕ ਆ ਬਈ ਤੁਸੀਂ ਨਹੀਂ ਲਾਈਕ ਕਰਦੇ ਕਮਲਾ ਹੈਰਿਸ ਨੂੰ, ਦੈਟਸ ਓਕੇ, ਪਰ ਹਰ ਇੱਕ ਨੂੰ ਨਹੀਂ ਏਦਾਂ ਕਰਨਾ ਚਾਹੀਦਾ, ਖਾਸ ਕਰਕੇ ਜਦੋਂ ਸਾਰੀ ਦੁਨੀਆ ਸਾਨੂੰ ਸੁਣਦੀ ਹੈਗੀ ਆ ਰੇਡੀਓ ਦੇ, ਹਨਾ ਜੀ। ਮੈਂ ਕਹਿੰਦਾ ਜਿੱਦਾਂ ਹੁਣ 2 ਯੰਗ ਚੋਰੇ ਖੇਲੇ ਬੈਠੇ ਆ ਖੇਲ ਖਿਲਾਉਂਦੇ ਹੋਏ, ਤੇ ਉਹ ਇਹ ਪੰਜਾਬ ਦੇ ਬੱਚਿਆਂ ਦੀ ਇਹ ਕਦੇ ਨਹੀਂ ਐਡਲ ਕਰਨ, ਔਜਲੇ ਦੀ ਟਿਕਟ $1000 ਲੈ ਕੇ ਜਾਂਦੇ ਆ। ਉਹ ਦੇਖੋ ਰਾਜ ਸਿੰਘ ਜੀ, ਇਹ ਹਰ ਇੱਕ ਦੀ ਆਪੋ ਆਪਣੀ ਪਰਸਨਲ ਜਿਹੜੀ ਉਹ ਹੁੰਦੀ ਆ। ਆਪਾਂ ਆਪਣੇ ਵੱਲੋਂ ਸਾਰਿਆਂ ਨੂੰ ਜਿਹੜਾ ਉਹ ਦੱਸੀਦਾ, ਹਰ ਇੱਕ ਨੂੰ ਕਹੀਦਾ। ਕਈਆਂ ਦੀਆਂ ਕਈ ਮਜਬੂਰੀਆਂ, ਕਈਆਂ ਦੇ ਮਜਬੂਰੀਆਂ 'ਚ ਉਹ ਕੰਮ ਕਰਨਾ ਪੈਂਦਾ, ਕਈਆਂ ਦੇ ਲਈ ਆਪਸ਼ਨ ਹੋਰ ਨਹੀਂ ਹੁੰਦੀ। ਬਾਕੀ ਬਿਲਕੁਲ ਜਿਹਨੂੰ ਕੋਈ ਓਪਰਚੁਨਿਟੀ ਹੋਰ ਮਿਲਦੀ ਉਸ ਨੂੰ ਜ਼ਰੂਰ ਜਿਹੜਾ ਉਹ ਦੇਖਣਾ ਚਾਹੀਦਾ। ਬਾਕੀ ਥੈਂਕ ਯੂ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਆ, ਬਹੁਤ ਬਹੁਤ ਸ਼ੁਕਰੀਆ। ਤੇ ਭਾਈ ਜ਼ਰੂਰ ਮਿਹਨਤ ਦਾ ਜਿਹੜਾ ਉਹ ਕੰਮ ਆ, ਮਿਹਨਤ ਆਪਾਂ ਕਰੀਏ। ਇੱਕ ਚੀਜ਼ ਜਿਹੜੀ ਇਹ ਜ਼ਰੂਰ ਹੁੰਦੀ ਆ ਵੀ ਹਰ ਇੱਕ ਜਾਣਾ ਸੇਮ ਇੱਕੋ ਜਾਣਾ ਨਹੀਂ, ਹਰ ਤਰ੍ਹਾਂ ਦੇ ਕੰਮਾਂ ਦੇ ਵਿੱਚ ਆਪਾਂ ਨੂੰ ਜਿਹੜਾ ਇਸ ਦੇ ਵਿੱਚ ਪੈਣਾ ਚਾਹੀਦਾ। ਅੱਜ ਜਿਹੜਾ ਚੰਗੀ ਗੱਲ ਆ ਵੀ ਆਪਣੇ ਜਿਹੜੇ ਲੋਕ ਆ ਉਹ ਪੋਲੀਟੀਸ਼ੀਅਨਸ ਸਮਾਲ ਰੇਸਿਸ ਤੋਂ ਲੈ ਕੇ ਬਿਗ ਰੇਸਿਸ ਦੇ ਵਿੱਚ ਜਿਹੜੇ ਉਹ ਦੇਖਣ ਨੂੰ ਮਿਲਦੇ ਆ। ਪੋਲੀਟੀਸ਼ੀਅਨਸ ਦੀ ਗੱਲ ਕਰੀਏ, ਬੋਇਜ਼ੀ ਦੇ ਵਿੱਚ, ਆਈਡਾਹੋ ਦੇ ਵਿੱਚ ਇੱਕ ਆਪਣਾ ਸਿੰਘ ਆ, ਉਹਦੇ ਕਿੰਨੇ ਜ਼ਿਆਦਾ ਪੇਟੈਂਟ ਆ, ਉਹ ਆਇਨਸਟਾਈਨ ਨਾਲੋਂ ਵੀ ਜ਼ਿਆਦਾ ਹੈਗੇ। ਹਾਂਜੀ, ਉਹ ਸੋ ਇਹ ਹੈਗੇ ਆ, ਆਪ ਹੀ ਲੱਭਣੇ ਆ, ਆਪ ਹੀ ਆਪਾਂ ਉਹਨਾਂ ਨੂੰ ਜਿਹੜਾ ਉਹ ਆਈਡਲ ਜਿਹੜਾ ਉਹ ਬਣਾਉਣਾ। ਬਾਕੀ ਇਦਾਂ ਵੀ ਨਹੀਂ ਰਾਜਕਨਵੀਰ ਸਿੰਘ, ਜਿਹੜੇ ਬਾਰਡਰ ਵੀ ਕ੍ਰਾਸ ਕਰਕੇ ਆਉਂਦੇ ਉਹਨਾਂ ਚ ਵੀ ਸਾਰੇ ਦੇਖੋ ਜੀ, ਸਾਰੇ ਮਿਹਨਤ ਕਰਦੇ, ਇਦਾਂ ਨਹੀਂ ਆ, ਮਜਬੂਰੀਆਂ ਆ ਕਈਆਂ ਦੀਆਂ, ਕਿ ਕਈ ਕੁਝ ਜਿਹੜਾ ਉਹ ਦੇਖਣਾ ਪੈਂਦਾ ਜੀ। ਇਹ ਸਾਰੀਆਂ ਚੀਜ਼ਾਂ ਨਾਲ ਚਲੋ ਆਪਾਂ ਇਹ ਪਰਸਨਲ ਨਾ, ਹਾਂਜੀ, ਅੱਗੇ ਮੇਨ ਮੁੱਦੇ ਤੇ ਰਹੀਏ, ਆਪਾਂ ਮੇਨ ਮੁੱਦੇ ਤੇ ਰਹੀਏ। ਤੇ ਇੱਕ ਵਾਰੀ ਫਿਰ ਵੋਟਾਂ ਜਿਹੜੀਆਂ ਦੱਸ ਦਈਏ, 230 ਡੋਨਲਡ ਟਰੰਪ ਤੇ 192 ਜਿਹੜੀ ਆ ਕਮਲਾ ਹੈਰਿਸ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਪੈਂਸਿਲਵੇਨੀਆ ਦਾ ਜਿਹੜਾ ਮੁਕਾਬਲਾ ਆ ਹਰਜੋਤ ਸਿੰਘ ਜੀ, ਉਹ ਬਿਲਕੁਲ ਕੜਾ ਚੱਲ ਰਿਹਾ ਆ। 2 ਲੱਖ ਤੋਂ ਵੀ ਘੱਟ, 1,90,000 ਵੋਟ ਦਾ ਜਿਹੜਾ ਇਸ ਟਾਈਮ ਫਰਕ ਹੈਗਾ ਆ। ਬਾਕੀ ਕੈਂਡੀਡੇਟਸ ਨੂੰ 53,000 ਵੋਟ ਪਈ ਆ ਉੱਥੇ। ਸੋ ਕਈ ਵਾਰੀ ਜਿਹੜਾ ਡਿਸਾਈਡਿੰਗ ਫੈਕਟਰ ਥਰਡ ਪਾਰਟੀ ਜਿਹੜਾ ਉਹ ਹੋ ਜਾਂਦਾ। ਇੱਕ ਨੇ ਆਪਾਂ ਨੂੰ ਪੁੱਛਿਆ ਸੀਗਾ ਵੀ ਹੋਰ ਕਿਹੜੇ ਕੈਂਡੀਡੇਟ ਜਿਹੜੇ ਉਹ ਹੈਗੇ ਆ, ਉਦਾਂ ਤਾਂ 3-4 ਕੈਂਡੀਡੇਟਸ ਦਾ ਜਿਹੜਾ ਉਹ ਨਾਂ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ, ਜਿਹੜੇ ਕੈਨੇਡੀ ਜੇਲਸਟਾਈਨ ਗ੍ਰੀਨ ਪਾਰਟੀ ਦੇ 4,52,000 ਵੋਟਾਂ ਓਵਰਆਲ ਪਈਆਂ ਆ। ਰੋਬਰਟ ਕੈਨੇਡੀ ਜਿਨ੍ਹਾਂ ਨੇ ਬਾਅਦ ਚ ਟਰੰਪ ਉਹਨਾਂ ਨੂੰ ਐਂਡੋਰਸ ਕਰਤਾ ਸੀ, ਉਹਨਾਂ ਨੂੰ 4,44,000 ਪੈ ਚੁੱਕੀਆਂ। ਚੇਜ਼ ਓਲੀਵਰ ਲਿਬਰਟੇਰੀਅਨ ਪਾਰਟੀ ਦੇ, ਇਹਨਾਂ ਕੋਲ ਵੀ 4,33,000। ਇਹ ਤੋਂ ਬਿਨਾਂ ਹੋਰ ਛੋਟੇ ਮੋਟੇ ਕੈਂਡੀਡੇਟ ਹੈਗੇ ਆ ਜਿਹੜੇ ਹਰ ਵਾਰੀ ਜਿੱਦਾਂ ਇੰਡੀਆ 'ਚ ਖੜ ਜਾਂਦੇ ਰਾਸ਼ਟਰਪਤੀ ਦੇ ਲਈ ਜਾਂ ਹੋਰ ਇਦਾਂ ਦੇ ਹੈਗੇ। ਸੋ ਰਾਜਕੁਮਾਰ ਤੇ ਹਰਜੋਤ ਜੀ, ਇੱਕ ਜਿਹੜੀ ਬ੍ਰੇਕਿੰਗ ਨਿਊਜ਼ ਦੇ ਵਿੱਚ ਆਪਾਂ ਹੁਣ ਲੈ ਕੇ ਚੱਲੀਏ ਕਿ ਜਿਹੜੀ ਆਪਾਂ ਸੈਨੇਟ ਦੇ ਵਿੱਚ ਗੱਲ ਕਰਦੇ ਤੇ ਉਹਦੇ ਵਿੱਚ 2 ਸੀਟਾਂ ਫਲਿਪ ਹੋ ਕੇ ਰਿਪਬਲਿਕਨ ਵੱਲ ਆਈਆਂ ਤੇ ਉਹਨਾਂ ਨੇ ਮੈਜੋਰਟੀ ਦੇ ਮਾਰਕ ਤੱਕ ਪਹੁੰਚ ਗਏ ਆ। ਰਿਪਬਲਿਕਨ ਪਾਰਟੀ ਨੂੰ 50 ਸੈਨੇਟ ਦੀ ਸੀਟਾਂ ਜਿਹੜੀਆਂ ਮਿਲ ਚੁੱਕੀਆਂ। ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਸ਼ਾਇਦ ਇਸ ਵਾਰੀ ਸੈਨੇਟ ਤੇ ਹਾਊਸ ਵੀ ਪ੍ਰੈਜ਼ੀਡੈਂਟ ਦੇ ਨਾਲ ਰਿਪਬਲਿਕਨ ਇਹਦੇ ਬਾਰੇ ਕਿਆ ਸਰਾਈ ਕਰਦੇ ਆ। ਐਟਲੀਸਟ ਆਪਾਂ ਸੈਨੇਟ ਦੀ ਗੱਲ ਕਰੀਏ ਤਾਂ ਸੈਨੇਟ ਜਿਹੜੀ ਆ ਰਿਪਬਲਿਕਨ ਪਾਰਟੀ ਕੋਲ ਚਲੇ ਗਈ ਆ ਜੀ। ਬਿਲਕੁਲ, ਉਹ ਫਲਿਪ ਜਿਹੜੀ ਉਹ ਹੋਣ ਦੇ ਅਸਾਰ ਹੀ ਸੀਗੇ। ਬਹੁਤ ਸਾਰੇ ਜਿਹੜੇ ਡੈਮੋਕ੍ਰੇਟ ਵੀ ਸੀਗੇ ਜਿਹੜੇ ਰੀ ਇਲੈਕਸ਼ਨ ਵੀ ਨਹੀਂ ਕਰ ਰਹੇ ਸੀ, ਉਹਨਾਂ ਨੂੰ ਵੀ ਪਤਾ ਆ ਵੀ ਮਾਹੌਲ ਜਿਹੜਾ ਇਸ ਟਾਈਮ ਔਖਾ ਉਹਨਾਂ ਦੇ ਲਈ ਆ। ਸੋ ਕਈਆਂ ਨੇ ਰਨ ਕਰਨਾ ਵੀ ਉਹ ਮੌਕਾ ਨਹੀਂ ਉਹਨਾਂ ਨੂੰ ਸ਼ਾਇਦ ਮਿਲਣਾ। ਸੋ ਉਹ ਮੈਦਾਨ ਛੱਡ ਕੇ ਵੀ ਕਈ ਜਿਹੜੇ ਉਹ ਭੱਜ ਗਏ ਸੀ ਵਿੱਚੋਂ। ਸੋ ਚੀਜ਼ਾਂ ਵੀ ਦੇਖਣ ਨੂੰ ਮਿਲੀਆਂ। ਸੋ ਮਰੀਆ ਕੈਂਟਵੈਲ ਜੋ ਵਾਸ਼ਿੰਗਟਨ ਸਟੇਟ ਤੋਂ ਆ,
ਡੈਮੋਕ੍ਰੇਟ ਸੈਨੇਟਰ, ਉਹ ਆਪਣੀ ਸੀਟ ਜਿੱਤ ਗਏ ਆ। ਮਾਰਟਿਨ ਹਿਨਰਿਚ ਨਿਊ ਮੈਕਸੀਕੋ ਤੋਂ ਡੈਮੋਕ੍ਰੇਟ ਸੈਨੇਟਰ ਆ, ਉਹ ਆਪਣੀ ਸੀਟ ਜਿਹੜੀ ਆ ਜਿੱਤ ਗਏ ਹੈਗੇ ਆ। ਕੈਲੀਫੋਰਨੀਆ ਦੀ ਪ੍ਰੋਪੋਜੀਸ਼ਨ 32 ਦਾ ਮੈਂ ਅਪਡੇਟ ਕਰਦਾ ਜਾਵਾਂ, ਜਿਹਦੇ ਵਿੱਚ ਮਿਨੀਮਮ ਵੇਜ ਵਧਾਉਣ ਦੀ ਜਿਹੜੀ ਗੱਲ ਸੀ, ਉਹ ਇਸ ਟਾਈਮ ਲੋਕ ਉਸ ਦੇ ਹੱਕ 'ਚ ਨਹੀਂ ਆ ਰਹੇ। 51.7% ਜਿਹੜੇ ਵੋਟਰਸ ਆ ਉਹ 2026 ਤੋਂ 18 ਘੰਟੇ ਜਿਹੜੀ ਮਿਨੀਮਮ ਵੇਜ ਆ ਉਸ ਨੂੰ ਕਰਨਾ ਚਾਹ ਰਹੇ ਸੀ। ਆਪਾਂ ਰੀਸੈਂਟਲੀ ਦੇਖਿਆ ਸੀ ਵੀ ਇਸੇ ਸਾਲ ਦੇ ਵਿੱਚ ਆਈ ਥਿੰਕ ਜੂਨ ਜੁਲਾਈ ਦੇ ਵਿੱਚ ਜਦੋਂ ਫਾਸਟ ਫੂਡ ਵਰਕਰਸ ਦੀ ਜਿਹੜੀ ਮਿਨੀਮਮ ਵੇਜ ਆ ਉਹ ਵਧਾਈ ਗਈ ਸੀ। ਇਹ ਹਰ ਇੱਕ ਦੇ ਲਈ ਮਿਨੀਮਮ ਵੇਜ ਵਧਾਉਣ ਦੀ ਗੱਲ ਸੀਗੀ। ਸੋ ਉਹ ਪ੍ਰੋਪੋਜੀਸ਼ਨ 32 ਆ, ਉਹ ਇਸ ਮੌਕੇ ਹਾਰ ਰਹੀ ਹੈਗੀ ਆ। 36 ਜਿਹੜੀ ਪ੍ਰੋਪੋਜੀਸ਼ਨ ਆ, ਜਿੱਦਾਂ ਜਿਨ੍ਹਾਂ ਨੂੰ ਜਿਹੜੀ ਆਪਾਂ ਜਿਹਦੇ ਤੇ ਕਹਿੰਦੇ ਸੀ ਬੜੀ ਮਾਰਜਨ ਦੇ ਨਾਲ ਉਹ ਪਾਸ ਹੋਣ ਜਾ ਰਹੀ ਆ, ਲੀਡ ਕਰ ਰਹੀ ਆ। 14.4% ਵੋਟਾਂ ਕਾਊਂਟ ਹੋਈਆਂ। 22,81,500 ਵੀ ਇਹਦੇ ਹੱਕ ਦੇ ਵਿੱਚ ਆ, 8,56,434 ਨਾਂ ਦੇ ਵਿੱਚ ਹੈਗੇ ਆ। ਸੋ ਇਹ ਲੱਗਦਾ ਵੀ ਇਹ ਜਿਹੜੀ ਪ੍ਰੋਪੋਜੀਸ਼ਨ ਆ ਇਹ ਈਜ਼ਲੀ ਪਾਸ ਹੋ ਜਾਊਗੀ। ਕੈਲੀਫੋਰਨੀਆ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅਰਲੀ ਵੋਟਿੰਗ ਆ, ਉਹ 9 ਮਿਲੀਅਨ ਵੋਟਾਂ ਜਿਹੜੀਆਂ ਆ ਉਹ ਹੋਈਆਂ ਸੀਗੀਆਂ, ਖਾਸ ਜਿਹੜੀਆਂ ਹੋਈਆਂ ਸੀਗੀਆਂ, ਤੇ 22.8 ਮਿਲੀਅਨ ਟੋਟਲ ਲੋਕਾਂ ਨੂੰ ਜਿਹੜੀਆਂ ਉਹ ਵੋਟਾਂ ਮਿਲੀਆਂ ਸੀਗੀਆਂ, ਲੋਕਾਂ ਦੇ ਘਰੋਂ ਘਰੀ ਜਿਹੜੀਆਂ ਪਹੁੰਚੀਆਂ ਸੀਗੀਆਂ। ਸੋ ਇਸ ਮੌਕੇ ਉਹਨਾਂ ਦੇ ਵਿੱਚੋਂ ਮਹਿਜ 9 ਮਿਲੀਅਨ ਲੋਕਾਂ ਨੇ ਹੀ ਅਰਲੀ ਵੋਟਿੰਗ ਜਿਹੜੀ ਉਹ ਕੀਤੀ ਆ। ਬਹੁਤ ਸਾਰਿਆਂ ਨੇ ਅੱਜ ਦੇ ਦਿਨ ਜਿਹੜੀ ਆ ਉਹ ਵੋਟ ਕੀਤੀ ਹੈਗੀ ਆ। ਇਲੈਕਸ਼ਨ ਸਿਕਿਉਰਿਟੀ ਦੇ ਅਧਿਕਾਰੀਆਂ ਨੇ ਬੰਬ ਥ੍ਰੈਟਸ ਜਿਹੜੇ ਮਿਲੇ ਸੀਗੇ ਉਹਨਾਂ ਨੂੰ ਨਾਨ ਕ੍ਰੈਡੀਬਲ ਜਿਹੜਾ ਐਲਾਨਿਆ ਸੀ। ਕਹਿੰਦੇ ਸੀਗੇ ਵੀ ਜਿੱਥੋਂ ਬੰਬ ਥ੍ਰੈਟਸ ਆਏ ਨੇ ਉਹ ਜਿਹੜੇ ਰਸ਼ੀਅਨ ਡੋਮੇਨਸ ਦੀਆਂ ਜਿਹੜੀਆਂ ਵੈਬਸਾਈਟਸ ਜਾਂ ਈਮੇਲ ਤੋਂ ਆਏ ਸੀ। ਸੋ ਉਹਨਾਂ ਨੂੰ ਉਹ ਸੱਚ ਜਿਹੜਾ ਉਹ ਨਹੀਂ ਮੰਨ ਰਹੇ। ਸੋ ਕਹਿੰਦੇ ਵੀ ਕੋਈ ਵੀ ਐਵੀਡੈਂਸ ਉਹਨਾਂ ਨੂੰ ਨਜ਼ਰ ਨਹੀਂ ਆਇਆ ਜਿਹਦੇ ਨਾਲ ਇਹ ਲੱਗੇ ਵੀ ਇੱਥੇ ਜਿਹੜਾ ਕੋਈ ਧਮਾਕਾ ਹੋਣ ਦਾ ਕੋਈ ਖਦਸ਼ਾ ਆ। ਜੀ ਹਰਵਿੰਦਰ ਜੀ, ਉਹਦੇ ਕਰਕੇ ਕੁਝ ਸਮੇਂ ਦੇ ਲਈ ਅੱਧੇ ਘੰਟੇ ਦੇ ਵਾਸਤੇ ਉਹਨਾਂ ਇਲੈਕਸ਼ਨ ਰੋਕੀ ਸੀ ਵੈਰੀਫਾਈ ਕਰਨ ਦੇ ਵਾਸਤੇ। ਉਹਦੇ ਵਿੱਚ ਉਹਨਾਂ ਇਹ ਕਿਹਾ ਸੀ ਕਿ ਜਿੱਦਾਂ ਤੁਸੀਂ ਕਿਹਾ ਵੀ ਕ੍ਰੈਡੀਬਲ ਥ੍ਰੈਟਸ ਨਹੀਂ ਹੈ ਭਾਵੇਂ ਕਿ ਰਸ਼ੀਅਨ ਸਰਵਰ ਤੋਂ, ਪਰ ਉਹਨਾਂ ਇਹ ਨਹੀਂ ਕਿਹਾ ਕਿ ਰਸ਼ੀਆ ਤੋਂ ਆਈਆਂ, ਕਿਸੇ ਦੀ ਸ਼ਰਾਰਤ ਹੀ ਸੀ। ਤੇ ਨਾਲ ਦੀ ਨਾਲ ਦੋ ਚੀਜ਼ਾਂ ਦੇ ਵਿੱਚ ਹੋਰ, ਕਿਉਂਕਿ ਹੁਣ ਜੋ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਵਿਕਟਰੀ ਦੇ ਵੱਲ ਵੱਧ ਰਹੇ ਤੇ ਬਿਟ ਹਿਸਟੋਰਿਕ ਹਾਈ ਦੇ ਉੱਤੇ ਚਲਾ ਗਿਆ। 75,000 ਕਰੀਬ, ਥੋੜਾ ਜਿਹਾ ਸ਼ਾਰਟ ਆਫ 75,000 ਦੇ ਕਰੀਬ ਉੱਥੇ ਪਹੁੰਚ ਗਿਆ। ਤੇ ਨਾਲ ਦੀ ਨਾਲ ਇਲਨ ਮਸਕ ਦਾ ਵੀ ਉੱਥੇ ਪਲਾਨ ਹੁੰਦਾ ਵੀ ਜੇ ਪ੍ਰੈਜ਼ੀਡੈਂਟ ਟਰੰਪ ਜਿੱਤ ਜਾਂਦੇ ਆ ਤੇ ਜਿਹੜੇ ਨੰਬਰ ਆਫ ਡਿਪਾਰਟਮੈਂਟਸ ਹੈਗੇ ਆ ਦੇ ਗਵਰਨਮੈਂਟ ਦੇ ਉਹਨੂੰ ਰਿਡਿਊਸ, ਤੇ ਇਹਨੂੰ ਜਿਹੜਾ ਇਹਨਾਂ ਤੇ ਜੇ ਉਹਨਾਂ ਨੂੰ ਉਹਦੇ ਵਿੱਚ ਮੌਕਾ ਮਿਲਦਾ ਸੇਵਾ ਕਰਨ ਦਾ ਤੇ ਉਹ ਇਹਦੇ ਉੱਤੇ ਜ਼ਰੂਰ ਉਹਦੇ ਲਈ ਨਵਾਂ ਬਣਾ ਲੈਣਗੇ, ਬਾਕੀ ਕੋਈ ਗੱਲ ਨਹੀਂ। ਕਹਿਣ ਦਾ ਮਤਲਬ ਇਹ ਹੈ ਕਿ ਇਦਾਂ ਦੇ ਹੁਣ ਜਿਹੜੇ ਬਿਆਨ ਆ ਉਹ ਸਾਹਮਣੇ ਆਉਣੇ ਸ਼ੁਰੂ ਹੋ ਗਿਆ। ਬਿਲਕੁਲ ਜੀ, ਉਹਨਾਂ ਨੂੰ ਨਜ਼ਰ ਆ ਰਿਹਾ ਵੀ ਸ਼ਾਇਦ ਜਿਹੜੀ ਉਹ ਜਿੱਤ ਵੱਲ ਨੂੰ ਉਹ ਵੱਧ ਰਹੇ ਆ। ਪਰ ਜਿੰਨੀਆਂ ਵੀ ਜਿਹੜੀਆਂ ਆਪਾਂ ਬੈਟਲ ਗਰਾਊਂਡ ਸਟੇਟਸ ਦਾ ਹਰਜੋਤ ਜੀ ਤੇ ਹਰਵਿੰਦਰ ਜਿਹੜਾ ਆਪਾਂ ਦੱਸਿਆ ਆ, ਉਹਨਾਂ ਵਿੱਚ ਮਿਸ਼ੀਗਨ ਦੇ ਵਿੱਚ ਵੀ ਇਸ ਟਾਈਮ ਟਰੰਪ ਲੀਡ 'ਚ ਨੇ, ਪੈਂਸਿਲਵੇਨੀਆ ਦੇ ਵਿੱਚ ਵੀ, ਜਾਰਜੀਆ ਦੇ ਵਿੱਚ ਵੀ ਇਸ ਟਾਈਮ ਲੀਡ 'ਚ ਨੇ। ਸੋ ਕਾਫੀ ਹੱਦ ਤੱਕ ਇਹਨਾਂ ਦੇ ਪੱਖ ਵੱਲ ਨੂੰ ਜਿਹੜੀ ਉਹ ਗੱਲ ਕਰ ਰਹੇ ਆ। ਐਰੀਜ਼ੋਨਾ ਦੇ ਵਿੱਚ ਵੀ ਲੀਡ 'ਚ ਨੇ, ਨਵਾਡਾ 'ਚ ਅਜੇ ਕਾਊਂਟਿੰਗ ਨਹੀਂ ਸ਼ੁਰੂ ਹੋਈ। ਸੋ ਉਦੋਂ ਬਾਅਦ ਦੇ ਵਿੱਚ ਜਿਹੜੀ ਉਹ ਜਦੋਂ ਸ਼ੁਰੂ ਹੋਊਗੀ ਫਿਰ ਉਦੋਂ ਆਪਾਂ ਤੁਹਾਡੇ ਨਾਲ ਜਿਹੜਾ ਉਸ ਦਾ ਸ਼ੇਅਰ ਜਿਹੜਾ ਉਹ ਕਰਦੇ ਹਾਂ। ਕੁਝ ਹੋਰ ਕਾਲਜ ਵੀ ਜੁੜੇ, ਆਪਾਂ ਉਹਨਾਂ ਨਾਲ ਵੀ ਵਿਚਾਰ ਸਾਂਝੇ ਕਰਦੇ ਹਾਂ। ਹਾਂਜੀ ਮੱਖਣਜੀਤ ਜੀ, ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਨਾ ਅੱਜ ਮੈਨੂੰ ਸੀਗੀ ਜੀ, ਮੈਂ ਘਰ ਹੀ ਸੀਗਾ, ਮਤਲਬ ਕੰਮ ਕਰਦਾ ਰਿਹਾ ਬਾਹਰ, ਸਾਰੇ ਕਿਤੇ ਇੱਧਰ ਉੱਧਰ ਭੱਜਦਾ ਫਿਰਦਾ ਰਿਹਾ। ਤੇ ਉਹ ਕੋਈ ਮੈਨੂੰ ਕਹਿ ਰਿਹਾ ਸੀ ਆਹ ਆਇਆ ਜੀ, ਕੋਈ ਕਹਿ ਰਿਹਾ ਸੀ ਆਹ ਆਇਆ, ਕੋਈ ਕਹਿ ਰਿਹਾ ਸੀ ਆਹ ਆਇਆ। ਪਰ ਜਿੰਨਾ ਚਿਰ ਹੁਣ ਮੈਂ ਘਰ ਆਇਆ ਜੀ, ਡੈਡ ਹੋਰੀ ਬੈਠੇ ਸਾਰੇ, ਜਿੰਨਾ ਚਿਰ ਤੁਹਾਡੀ ਖਬਰ ਨਹੀਂ ਸੁਣੀ ਟੀਵੀ ਦੇ ਉੱਤੇ, ਉਹਨਾਂ ਚਿਰ ਮਨ ਨੂੰ ਤਸੱਲੀ ਨਹੀਂ ਹੋਈ। ਚਲੋ ਥੈਂਕ ਯੂ ਜੀ ਤੁਹਾਡਾ। ਹਾਂਜੀ, ਤੇ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ। ਤੇ ਨਾਲੇ ਜਿੱਦਾਂ ਵੀ ਏਦਾਂ ਨਹੀਂ ਲੱਗਦਾ ਕੁਛ ਵੀ ਜਿੱਦਾਂ ਕੁਝ ਅਨਫੇਅਰ ਹੋ ਰਿਹਾ, ਕਿਉਂਕਿ ਮੇਰਾ ਬੇਟਾ ਸ਼ਾਮੀ ਮੈਨੂੰ ਕਹਿੰਦਾ ਪਿਆ ਸੀ, ਮੈਨੂੰ ਫੋਨ ਕਰਕੇ, ਮੈਂ ਬਾਹਰ ਸੀਗਾ, ਮੈਨੂੰ ਕਹਿੰਦਾ ਵੀ ਇੱਦਾਂ ਟਰੰਪ ਇੱਥੋਂ ਪੈਂਸਿਲਵੇਨੀਆ ਤੋਂ ਕਰ ਰਿਹਾ ਹੈ। ਤੇ ਮੈਂ ਕਿਹਾ ਵੀ ਮੈਂ ਘਰ ਆਇਆ ਸ਼ਾਮੀ ਥੋੜੇ ਚਿਰ ਲਈ, ਤੇ ਮੈਨੂੰ ਕਹਿੰਦਾ ਵੀ ਜਿੱਦਾਂ ਇੰਡੀਆ ਦੇ ਵਿੱਚ ਚੱਲਦਾ ਨਾ ਵੀ ਓਦਾਂ ਹੀ ਇੱਥੇ ਵੀ ਮੀਡੀਆ ਕਰਦਾ। ਜਿੱਦਾਂ ਉਹਨੇ ਕੁਛ ਚੈਨਲਾਂ ਦੇ ਨਾਲ, ਇਹ ਮੈਂ ਲੈਣੇ ਸੀ ਨਾ ਜਿਹੜੇ ਆਪਣੇ ਲੋਕਲ ਹੀ ਚੱਲਦੇ ਇੱਥੇ, ਵੀ ਉਹ ਕਹਿੰਦਾ ਕਾਫੀ ਚੈਨਲ ਏਦਾਂ ਜਿਹੜੇ ਆ ਵੀ ਜਿਹੜੇ ਉਹ ਗਵਰਨਮੈਂਟ ਦੇ ਨਾਲ ਹੀ ਚੱਲਦੇ ਆ, ਵੀ ਉਹਦੇ ਹੱਕ 'ਚ ਹੀ ਉਹ ਕਰਦੇ ਆ। ਜੀ ਜੀ ਜੀ। ਤੇ ਮੈਂ ਕਿਹਾ
ਮੈਂ ਕਿਹਾ ਸਿੱਧਾ ਕਿਹਾ ਵੀ ਗੋਦੀ ਮੀਡੀਆ ਨਹੀਂ, ਪਰ ਇਦਾਂ ਨਹੀਂ ਹੈ ਇੱਥੇ। ਚਲੋ ਠੀਕ ਹੈ, ਕੁਝ ਚੈਨਲ ਉਧਰ ਆ ਲੈਫਟ, ਕੁਝ ਰਾਈਟ ਵਾਲਾ, ਇਦਾਂ ਨਹੀਂ, ਸਾਰੇ ਨਹੀਂ ਹੈ। ਸੋ ਇਦਾਂ ਦੀ ਕੋਈ ਗੱਲ ਨਹੀਂ ਹੈ। ਹਾਂਜੀ, ਪਰ ਇਦਾਂ ਵੀ ਇੱਕ ਜਿੱਦਾਂ ਆਪਣੇ ਮੇਰੇ ਖਿਆਲ ਕਾਫੀ ਬੰਦੇ, ਮੈਨੂੰ ਵੀ ਨਹੀਂ ਪਤਾ, ਹਾਲਾਂਕਿ ਮੈਂ ਮਤਲਬ ਰੋਜ਼ ਹੀ ਮੈਂ ਇਦਾਂ ਨਹੀਂ ਮੈਂ ਪੜ੍ਹਿਆ ਲਿਖਿਆ ਆ, ਪਰ ਮੈਨੂੰ ਮਤਲਬ ਇਦਾਂ ਨਹੀਂ ਕੋਈ ਮੈਂ ਨਾ ਕੋਈ ਦਿਲਚਸਪੀ ਨਹੀਂ ਲੈਂਦਾ। ਮਤਲਬ ਕਾਫੀ ਲੋਕਾਂ ਨੂੰ ਨਹੀਂ ਪਤਾ ਹੋਣਾ ਜਿੱਦਾਂ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੀ ਇਲੈਕਟ੍ਰਲ ਜਿਹੜੀ ਵੋਟ ਕਹਿੰਦੇ ਉਹ ਪੈਂਦੀ ਹੈ, ਉਹਦੇ ਨਾਲ ਜਿੱਤ ਜਾਂਦੇ ਬੰਦੇ ਜੀ, ਉਹਦੇ ਨਾਲ ਪ੍ਰੈਜ਼ੀਡੈਂਟ ਜਿੱਤ ਜਾਂਦਾ, ਉਹਦੇ ਬਾਰੇ ਬੜੀ ਕਨਫਿਊਜ਼ਿੰਗ ਜੀ ਹੈ। ਮੈਨੂੰ ਕਾਫੀ ਬੰਦਿਆਂ ਨੇ ਪੁੱਛਿਆ, ਮੇਰੇ ਖਿਆਲ 6-7 ਜਣਿਆਂ ਨੇ ਪੁੱਛਿਆ ਵੀ ਉਹ ਕੀ ਹੁੰਦੀ ਵੋਟ ਜਿਹੜੀ ਕਹਿੰਦੇ ਵੀ ਉਹ ਸਾਰਾ ਕੁਝ ਚੇਂਜ ਕਰ ਦਿੰਦੀ ਹੈ। ਉਹ ਵੀ ਆਪਾਂ ਦੱਸਦੇ, ਜ਼ਰੂਰ ਐਕਸਪਲੇਨ ਕਰਦੇ ਹਾਂ, ਜ਼ਰੂਰ ਆਪਾਂ ਹਰ ਸਾਲ ਦੱਸੀ ਦਾ ਡਿਟੇਲ ਚ, ਪਰ ਕੋਈ ਨਹੀਂ, ਇਸ ਵਾਰੀ ਫੇਰ ਦੱਸਾਂਗੇ ਜੀ। ਥੈਂਕ ਯੂ। ਕੋਈ ਨਹੀਂ, ਚੇਤਾ ਕਰਾ ਦਿੰਦੇ ਜੀ, ਹੁਣੇ ਚੇਤਾ ਕਰਾਉਂਦੇ ਸਾਰਿਆਂ ਨੂੰ। ਧੰਨਵਾਦ ਜੀ, ਥੈਂਕ ਯੂ ਵੀਰ ਜੀ। ਨਹੀਂ ਸਾਲ ਬਾਅਦ ਨਹੀਂ, 4 ਸਾਲ ਬਾਅਦ ਦੱਸ ਦੇ। ਠੀਕ ਆ ਜੀ, ਹਾਂਜੀ ਠੀਕ ਆ, ਕੋਈ ਨਹੀਂ, ਕਰਾਉਂਦੇ ਚੇਤਾ। ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸੁਖੀ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੁਖੀ ਜੀ, ਸਤਿ ਸ਼੍ਰੀ ਅਕਾਲ ਜੀ। ਆਨੂ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਬ੍ਰਦਰ ਜੀ? ਠੀਕ ਹੈ ਜੀ। ਪਹਿਲੀ ਗੱਲ ਤਾਂ ਤਿੰਨੇ ਭਰਾਵਾਂ ਨੂੰ ਬਹੁਤ ਹੀ ਜ਼ਿਆਦਾ ਮੈਨੂੰ ਅੱਛਾ ਲੱਗ ਰਿਹਾ ਹੈਗਾ ਵੀ ਮੇਰੇ ਕੋਲੇ ਘਰ ਦੇ ਵਿੱਚ 450 ਚੈਨਲ ਹੈਗਾ ਜੀ। ਮੈਂ ਤੁਹਾਡਾ ਜਿਹੜਾ ਪੰਜਾਬੀ ਰੇਡੀਓ USA ਸੁਣ ਰਿਹਾ ਹੈਗਾ ਵੀ ਕੀ ਚੱਲ ਰਿਹਾ ਹੈਗਾ। ਥੈਂਕ ਯੂ ਜੀ। ਜਿਹੜੇ ਹਿਸਾਬ ਨਾਲ ਤੁਸੀਂ ਸਾਰੀ ਰਿਪੋਰਟ ਕਰ ਰਹੇ ਹੈਗੇ ਹੋ, ਨਾਟ ਓਨਲੀ ਕਿ ਅੱਜ ਤੁਸੀਂ ਰਿਪੋਰਟ ਕਰ ਰਹੇ ਹੈਗੇ ਹੋ ਜੀ, ਤੁਹਾਨੂੰ ਇੱਕ ਸਿਹਰਾ ਜਾਂਦਾ ਹੈਗਾ ਕਿ ਅੱਜ ਤੱਕ ਤੁਸੀਂ ਜੋ ਵੀ ਪਿੱਛੇ ਵੀ ਜੋ ਕੁਝ ਵੀ ਕਰਿਆ ਹੈਗਾ ਨਾ, ਜਿਹੜੀ ਰਿਪੋਰਟਿੰਗ ਕਰੀ ਹੈਗੀ ਹੈ, ਉਹ ਕੁਝ ਲੋਕਾਂ ਨੂੰ ਚੰਗੀ ਲੱਗੇਗੀ, ਬੁਰੀ ਲੱਗੇਗੀ, ਪਰ ਉਹ ਜਿਵੇਂ ਆਪਾਂ ਕਹਿੰਦੇ ਜਰਨਲਿਸਟਿਕ ਪੁਆਇੰਟ ਵਿਊ ਦੇ ਨਾਲ ਨਾ ਬਿਲਕੁਲ ਪਰਫੈਕਟ ਹੈਗੀ ਸੀ। ਧੰਨਵਾਦ ਜੀ। ਅੱਜ ਜੋ ਮੈਂ ਦੇਖ ਰਿਹਾ, ਸੁਣ ਰਹੇ ਹੈਗਾ, ਕਰ ਰਹੇ ਹੈਗੇ ਆ, ਇਸ ਟਾਈਮ ਦੇ ਉੱਤੇ ਤਿੰਨੇ ਭਰਾ ਲੱਗੇ ਹੋਏ ਹੈਗੇ ਨੇ। ਇਹ ਇਸੇ ਚੀਜ਼ ਦੀ ਜਿਹੜੀ ਹੈਗੀ ਆ ਵੀ ਆਪਾਂ ਨੂੰ ਬਹੁਤ ਜ਼ਿਆਦਾ ਤੁਹਾਡੇ ਵਰਗੇ ਹੈਗੇ 15-20 ਹੋਰ ਵੀ ਸਟੇਸ਼ਨ ਚਾਹੀਦੇ ਹੈਗੇ ਨੇ ਦੁਨੀਆ ਭਰ ਦੇ ਵਿੱਚ, ਜਿਹੜੇ ਕਿ ਸਿੱਖ ਕਮਿਊਨਿਟੀ ਨੂੰ ਜਗਾ ਸਕਣ ਵੀ ਭਾਈ ਤੁਸੀਂ ਕੋਈ ਅੰਧੇ ਭਗਤ ਨਾ ਬਣੋ, ਤੁਸੀਂ ਸਹੀ ਗੱਲ ਕਰੋ, ਸਹੀ ਗੱਲ ਸੁਣੋ। ਮੈਨੂੰ ਇਹ ਵੀ ਪਤਾ ਹੈਗਾ ਤੁਹਾਨੂੰ, ਤੁਸੀਂ ਜਦੋਂ ਸਹੀ ਗੱਲ ਕਰਦੇ ਹੈਗੇ ਸੀ ਤੁਹਾਡੇ ਤੇ ਵੀ ਬਹੁਤ ਜੋ ਲੋਕਾਂ ਨੇ ਕਿੰਤੂ ਪ੍ਰੰਤੂ ਕਰਿਆ ਹੈਗਾ, ਪਰ ਮੈਂ ਇਸ ਕਰਕੇ ਤੁਹਾਨੂੰ ਸੁਣਦੇ ਹੈਗਾ, ਤੁਸੀਂ ਤੁਹਾਡੀ ਜਿਹੜੀ ਰਿਪੋਰਟਿੰਗ ਹੈਗੀ ਹੈ ਨਾ ਬਿਲਕੁਲ ਪਰਫੈਕਟ ਹੈਗਾ। ਤੁਸੀਂ ਬਿਲਕੁਲ ਇਹ ਨਹੀਂ ਕਹਿੰਦੇ ਤੋੜ ਮੋੜ ਕੇ ਪੇਸ਼ ਨਹੀਂ ਕਰ ਰਹੇ ਹੈਗੇ, ਤੁਸੀਂ ਬਿਲਕੁਲ ਜੋ ਸਾਰੇ ਮੀਡੀਆ ਦੇ ਵਿੱਚ ਆ ਰਹੇ ਹੈਗੇ ਤੁਸੀਂ ਉਹ ਪੇਸ਼ ਕਰ ਰਹੇ ਹੈਗੇ ਹੋ। ਥੈਂਕ ਯੂ ਜੀ, ਧੰਨਵਾਦ ਜੀ। ਮੈਂ ਵਧਾਈ ਦਿੰਦਾ ਹੈਗਾ ਤਿੰਨੇ ਭਰਾਵਾਂ ਨੂੰ। ਆਈ ਐਮ ਪ੍ਰਾਊਡ ਆਫ ਯੂ। ਚਾਹੇ ਮੇਰੀ ਦੇਖੋ, ਮੈਨੂੰ ਬਹੁਤ ਲੋਕੀ ਕਹਿੰਦੇ ਹੈਗੇ ਨੇ ਇਹ ਖਾਕੀ ਕੱਛੇ ਵਾਲਾ ਹੈਗਾ, ਇਹ ਖਾਕੀ ਕੱਛਾ ਪਾ ਕੇ ਰੱਖਦਾ ਹੈਗੇ, RSS ਦਾ ਬੰਦਾ ਹੈ, ਮੋਦੀ ਦਾ ਬੰਦਾ ਹੈ, BJP ਦਾ ਬੰਦਾ ਹੈ, ਦਿਸ ਐਂਡ ਦੈਟ। ਇਹੀ ਠੱਪਾ ਹੈਗਾ, ਕਿਸੇ ਤੇ ਵੀ ਲੱਗ ਸਕਦਾ ਹੈਗਾ, ਬਹੁਤ ਲੋਕਾਂ ਤੇ ਲੱਗ ਚੁੱਕਿਆ ਹੈਗਾ। ਤੁਸੀਂ ਜਿਹੜੇ ਲੋਕਾਂ ਨੇ ਅੱਜ ਤੱਕ ਸਿੱਖ ਕਮਿਊਨਿਟੀ ਦੀ ਸੇਵਾ ਕਰੀ ਹੈਗੀ ਹੈ, ਮੈਂ ਠੋਕ ਕੇ ਕਹਿ ਸਕਦਾ ਹੈਗਾ ਅੱਜ ਤੱਕ ਕਿਸੇ ਗੁਰਦੁਆਰੇ ਨੇ, ਕਿਸੇ ਵੀ ਕਮਿਊਨਿਟੀ ਦੇ ਬੰਦੇ ਨੇ ਨਹੀਂ ਕਰੀ ਹੈਗੀ ਜਿੰਨਾ ਕਿ ਜੇ ਪੰਜਾਬੀ ਰੇਡੀਓ USA ਨੇ ਕਰ ਦਿੱਤੀ ਹੈਗੀ ਹੈ। ਧੰਨਵਾਦ ਜੀ ਬਹੁਤ ਤੁਹਾਡਾ। ਪੰਜਾਬੀ ਰੇਡੀਓ USA ਨੇ ਜੋ ਅੱਜ ਤੱਕ ਹੈਲਪ ਕਰੀ ਹੈਗੀ ਹੈ, ਜੋ ਕੁਝ ਵੀ ਕਰਿਆ ਹੈਗਾ ਨਾ, ਉਹ ਬਿਲਕੁਲ ਪਿੰਡੇ ਤੇ ਵੀ ਹੰਡਾਇਆ ਹੈਗਾ। ਉਹਨਾਂ ਨੇ ਬਹੁਤ ਜ਼ਿਆਦਾ ਸੈਕਰੀਫਾਈ ਕਰਿਆ ਹੈਗਾ। ਇਸ ਕਰਕੇ ਮੈਂ ਕਹਿਣਾ ਹੈਗਾ ਵੀ ਜੋ ਤੁਸੀਂ ਭਰਾ ਉਹ ਕਰ ਰਹੇ ਹੈਗੇ ਨਾ, ਦੇਖੋ ਉਤਰਾਜ ਜ਼ਿੰਦਗੀ ਦੇ ਵਿੱਚ ਆਉਂਦਾ ਰਹਿੰਦਾ ਹੈਗਾ। ਤੁਸੀਂ ਮੈਨੂੰ ਹਮੇਸ਼ਾ ਮੈਨੂੰ ਨਹੀਂ ਖੁਸ਼ ਕਰ ਸਕਦੇ ਹੈਗੇ ਜਾਂ ਮੇਰੇ ਵਿਰੋਧ ਨੂੰ ਖੁਸ਼ ਨਹੀਂ ਕਰ ਸਕਦੇ ਹੈਗੇ, ਪਰ ਤੁਸੀਂ ਹਮੇਸ਼ਾ ਇੱਕ ਬੜਾ ਟਰਾਂਸਪੇਰੈਂਟ ਸਿੱਖ ਕਮਿਊਨਿਟੀ ਦੇ ਲਈ ਇੱਕ ਬਹੁਤ ਸੋਹਣਾ ਸਟੈਂਡ ਲਿਆ ਹੈਗਾ। ਤੁਹਾਡਾ ਸਟੈਂਡ ਉਹ ਕਾਇਮ ਰਹਿਣਾ ਬਹੁਤ ਜ਼ਰੂਰੀ ਹੈਗਾ। ਸਿੱਖ ਕਮਿਊਨਿਟੀ ਦੇ ਕੋਲੇ ਬਹੁਤ ਜ਼ਿਆਦਾ ਕੋਈ ਏਦਾਂ ਦੇ ਪਲੇਟਫਾਰਮ ਨਹੀਂ ਹੈਗੇ ਜਿਹੜਾ ਪਲੇਟਫਾਰਮ ਤੇ ਤੁਸੀਂ ਬੈਠੇ ਹੈਗੇ ਹੋ। ਧੰਨਵਾਦ ਸੁਖੀ ਜੀ, ਬੜੀ ਮਿਹਰਬਾਨੀ, ਸ਼ੁਕਰੀਆ, ਬੜੀ ਮਿਹਰਬਾਨੀ। ਬ੍ਰੇਕਿੰਗ ਨਿਊਜ਼ ਜਿਹੜੀ ਨਾਲ ਹੀ ਜਿਹੜੀ ਆ ਹਰਜੋਤ ਜੀ ਆ ਗਈ, ਵਰਜੀਨੀਆ ਜਿਹੜਾ ਉਹ ਕਾਲ ਕਰ ਦਿੱਤਾ ਗਿਆ ਆ ਕਮਲਾ ਹੈਰਿਸ ਦੇ ਲਈ। ਸੋ ਰੇਸ ਜਿਹੜੀ ਇੱਕ ਵਾਰੀ ਫੇਰ ਦੁਬਾਰਾ ਕਲੋਜ਼ ਜਿਹੜੀ ਉਹ ਹੋਈ ਹੈ। ਕਮਲਾ ਹੈਰਿਸ ਹੁਣ ਵਰਜੀਨੀਆ ਦੀਆਂ ਜਿਹੜੀਆਂ ਸੀਟਾਂ ਆ ਜਿੱਤਣ ਤੋਂ ਬਾਅਦ ਦੇ ਵਿੱਚ 13 ਇਲੈਕਟਰਲ ਵੋਟਾਂ ਲੈਣ ਤੋਂ ਬਾਅਦ ਚ 205 ਦੇ ਉੱਤੇ ਕਮਲਾ ਹੈਰਿਸ ਪਹੁੰਚ ਗਈ ਹੈ। ਟਰੰਪ ਹੁਣੀ ਹਾਲ ਦੀ ਘੜੀ ਵੀ 230 ਦੇ ਉੱਤੇ ਹੀ ਜਿਹੜੇ ਉਹ ਖੜੇ ਨੇ ਜੀ। ਥੈਂਕ ਯੂ। ਬਹੁਤ ਸਾਰੇ ਸਾਡੇ ਸਰੋਤੇ ਹਰਵਿੰਦਰ ਜੀ
ਜਾਂ ਬਹੁਤ ਸਾਰੇ ਸਰੋਤੇ ਪੁੱਛ ਰਹੇ ਆ ਜਸਮੀਤ ਕੌਰ ਬੈਂਸ ਉਹਨਾਂ ਦਾ, ਹਜੇ ਉਹਨਾਂ ਦੇ ਏਰੀਆ ਦੀ ਜਿਹੜੀ ਕਾਊਂਟਿੰਗ ਆ ਉਹ ਸ਼ੁਰੂ ਨਹੀਂ ਹੋਈ। ਸਟੇਟ ਅਸੈਂਬਲੀ ਡਿਸਟ੍ਰਿਕਟ 35 ਇਹ ਨੋਟ ਕਰਕੇ ਰੱਖਿਓ, ਹੋਏ ਅਪਡੇਟ ਆਪਾਂ ਕਰ ਦਾਂਗੇ ਜੀ। 35 ਜੀ ਜੀ। ਨਿਊ ਮੈਕਸੀਕੋ ਦੀ ਗੱਲ ਕਰੀਏ ਤੇ ਨਿਊ ਮੈਕਸੀਕੋ ਜਿਹੜੀ ਚੱਲਦੀ ਪਈ ਹੈ, ਉੱਥੇ ਐਸੋਸੀਏਟ ਪ੍ਰੈਸ ਨੇ ਨਿਊ ਮੈਕਸੀਕੋ ਦੇ ਵਿੱਚ ਕਮਲਾ ਹੈਰਿਸ ਨੂੰ ਕਾਲ ਕਰਕੇ ਤੇ ਉਹਨਾਂ ਦੇ ਪੱਲੇ ਉਹਨਾਂ ਦੇ ਖਾਤੇ ਵਿੱਚ ਹੋਰ ਜੋੜ ਦਿੱਤੀਆਂ ਪੰਜ ਜਿਹੜੇ ਵੋਟਾਂ ਐਰੀਜ਼ੋਨਾ ਤੇ ਨਿਊ ਜੀ ਜੀ। ਸੋ ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਸਾਡੇ ਨਾਲ ਨਵੇਂ ਜੁੜੇ ਆ, ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਐਰੀਜ਼ੋਨਾ ਜਿਹੜੀ ਆ ਉਹਦੀ ਫਸਟ ਮੀਟਿੰਗ ਜੀ ਹਰਵਿੰਦਰ ਜੀ ਐਰੀਜ਼ੋਨਾ ਦਾ ਕੀ ਦੱਸ ਰਹੇ ਸੀ? ਐਰੀਜ਼ੋਨਾ ਦੀ ਜਿਹੜੀ ਅਜੇ ਵੀ ਫਸਟ ਟੱਕਰ ਜਿਹੜੀ ਉਹ ਚੱਲ ਰਹੀ ਹੈ। ਐਰੀਜ਼ੋਨਾ ਮੈਨੂੰ ਲੱਗਦਾ ਜੀ ਸਾਰਿਆਂ ਦੇ ਵਿੱਚੋਂ ਜਿੰਨੀਆਂ ਵੀ ਬੈਟਲ ਗਰਾਊਂਡ ਸਟੇਟਸ ਦੇ ਵਿੱਚੋਂ ਰੀਅਲ ਬੈਟਲ ਗਰਾਊਂਡ ਸਟੇਟ ਜਿਹੜੀ ਆ ਉਹ ਬਣ ਕੇ ਨਿਕਲੀ ਆ। ਸੋ ਸਿਰਫ 7000 ਵੋਟ ਦਾ ਫਰਕ ਆ ਕਮਲਾ ਹੈਰਿਸ ਤੇ ਡੋਨਲਡ ਟਰੰਪ ਹੋਣਾ ਦੇ ਦਰਮਿਆਨ। ਜੇ ਫੌਕਸ ਨਿਊਜ਼ ਦੇ ਉੱਤੇ ਤੁਸੀਂ ਨਜ਼ਰ ਮਾਰਦੇ ਆ ਤਾਂ 200 ਜਿਹੜੇ ਆ ਹਰਜੋਤ ਜੀ ਉਹਨਾਂ ਨੂੰ 32 ਜਿਹੜੀਆਂ ਵੋਟਾਂ ਦਿਖਾ ਰਹੇ ਆ ਇਲੈਕਟਰਲ ਵੋਟਾਂ, ਤੇ 212 ਜਿਹੜੀਆਂ ਕਮਲਾ ਹੈਰਿਸ ਨੂੰ। ਸੋ ਇਹ ਜਿਹੜੀ ਇਸ ਟਾਈਮ ਉੱਥੇ ਜਿਹੜਾ ਇਸ ਟਾਈਮ ਇਹ ਪੋਜੀਸ਼ਨ ਚੱਲ ਰਹੀ ਆ। ਹਰ ਇੱਕ ਜਣਾ ਵੱਖੋ ਵੱਖਰੀਆਂ ਪ੍ਰੋਜੈਕਸ਼ਨਸ ਜਿਹੜੀਆਂ ਆ ਉਹ ਆਪਣੇ ਪੱਧਰ ਦੇ ਉੱਤੇ ਕਰ ਰਿਹਾ ਹੈਗਾ ਆ। ਐਸੋਸੀਏਟਡ ਪ੍ਰੈਸ ਜਿਹੜਾ ਆ ਉਹ ਕਮਲਾ ਹੈਰਿਸ ਉਹਨਾਂ ਨੂੰ 205 ਤੇ ਡੋਨਾਲਡ ਟਰੰਪ ਉਹਨਾਂ ਨੂੰ 230 ਦਿਖਾ ਰਿਹਾ ਹੈਗਾ ਜੀ। ਤੇ ਆਪਣੇ ਅਗਲੇ ਕਾਲਰ ਜੁੜੇ ਨੇ ਹਰਜਿੰਦਰ। ਇੱਕ ਆਪਾਂ ਬ੍ਰੇਕ ਵੀ ਲੈਣੀ ਆ ਹੁਣ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜਾ ਆਪਾਂ ਫੇਰ ਆਪਾਂ ਜੁੜਾਂਗੇ, ਖਾਸ ਕਰਕੇ ਜਿਹੜੇ ਸਾਡੇ ਰੇਡੀਓ ਸਟੇਸ਼ਨ ਦੇ ਉੱਤੇ ਜੁੜੇ ਹੋਏ ਨੇ ਲੋਕ, ਉਹਨਾਂ ਦੇ ਲਈ ਆਪਾਂ ਜਿਹੜੀ ਉਹ ਇੱਕ ਬ੍ਰੇਕ ਲਵਾਂਗੇ। ਆਨਲਾਈਨ ਜਿਹੜੀ ਸਟ੍ਰੀਮਿੰਗ ਆ ਉਹ ਚੱਲਦੀ ਰਹਿਣੀ ਆ ਜੀ। ਨਿਊਜ਼ ਜ਼ਰੂਰ ਸਾਂਝੀ ਕਰਦੇ ਜਾਈਏ। US ਦੀ ਜਿਹੜੀ ਸਾਈਬਰ ਸਿਕਿਉਰਿਟੀ ਏਜੰਸੀ ਆ ਉਹਦੇ ਹੈੱਡ ਨੇ ਹੁਣੇ ਰਿਪੋਰਟ ਕੀਤਾ ਹੈ ਵੀ ਬੰਬ ਥ੍ਰੈਟ ਈਮੇਲਸ ਮਲਟੀਪਲ ਸਟੇਟਸ ਨੂੰ ਆਈਆਂ ਆ ਰਸ਼ੀਆ ਦੇ ਈਮੇਲ ਡੋਮੇਨਸ ਤੋਂ। ਸੋ ਇਹ ਹਜੇ ਤੱਕ ਸ਼ੋਰ ਨਹੀਂ ਹੈਗਾ ਵੀ ਰਸ਼ੀਆ ਵਾਲੇ ਇਹਦੇ ਪਿੱਛੇ ਇਨਵੋਲਵ ਆ ਜਾਂ ਕੋਈ ਹੋਰ ਆ। ਜੈਨ ਈਸਟਰਲੀ ਜੋ ਡਾਇਰੈਕਟਰ ਆਫ ਸਾਈਬਰ ਸਿਕਿਉਰਿਟੀ ਤੇ ਇਨਫਰਾਸਟ੍ਰਕਚਰ ਸਿਕਿਉਰਿਟੀ ਏਜੰਸੀ ਦੇ ਹੈਗੇ ਆ, ਉਹਨਾਂ ਨੇ ਕਿਹਾ ਵੀ ਅਸੀਂ ਇਸ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਆ। FBI ਆਲਰੇਡੀ ਇਹਦੇ ਵਿੱਚ ਇਨਵੋਲਵ ਹੈਗੀ ਆ। ਜਾਰਜੀਆ 'ਚ ਜਿਹੜੀਆਂ ਈਮੇਲਸ ਇਹ ਭੇਜੀਆਂ ਗਈਆਂ ਆ, ਕਿਉਂਕਿ ਹੁਣ 4-5 ਕਿੰਨੀਆਂ ਸਟੇਟਸ ਰਹਿ ਗਈਆਂ ਜਿਨ੍ਹਾਂ ਨੇ ਡਿਸਾਈਡ ਕਰਨਾ ਹੈਗਾ। ਬਾਕੀ ਲਗਭਗ ਸਾਰੀਆਂ ਸਟੇਟਾਂ ਦੇ ਰਿਜ਼ਲਟਸ ਆ ਗਏ ਹੈਗੇ। ਕਮਲਾ ਹੈਰਿਸ ਦੇ ਕੈਂਪੇਨ ਦੀ ਜਿਹੜੀ ਚੇਅਰ ਆ ਉਹ ਕਹਿ ਰਹੀ ਆ ਵੀ ਜਾਓ ਜਾ ਕੇ ਸੌਵੋ, ਰਿਜ਼ਲਟਸ ਜਿਹੜੇ ਆ ਕਈ ਘੰਟਿਆਂ ਤੱਕ ਅਜੇ ਪਤਾ ਨਹੀਂ ਲੱਗਣੇ, ਤੇ ਬਲੂ ਵਾਲ ਅਜੇ ਵੀ ਰੀਚ ਦੇ ਵਿੱਚ ਆ। ਸੋ ਗੁੱਜਾ ਜਿਹਾ ਇਸ਼ਾਰਾ ਵੀ ਇੱਕ ਹਿਸਾਬ ਦੇ ਨਾਲ ਮੇ ਵੀ ਉਹ ਕਰ ਗਏ ਆ। ਕਮਲਾ ਹੈਰਿਸ ਉਹਨਾਂ ਦੇ ਕੈਂਪੇਨ ਦੇ ਵਿੱਚ ਥੋੜੀ ਜਿਹੀ ਨਿਰਾਸ਼ਾ ਜਿਹੜੀ ਆ ਡੈਫੀਨਿਟਲੀ ਉਹ ਵਧੀ ਹੈਗੀ ਆ। ਤੇ ਅਗਲੇ ਜਿਹੜੇ ਆਪਣੇ ਕਾਲਰ ਨੇ ਉਹ ਜੁੜੇ ਨੇ ਗੁਰਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਥੋਂ ਬੋਲਦੀ ਹਾਂ ਹਿਊਸਟਨ ਪ੍ਰੋਪਰ ਹਿਊਸਟਨ ਤੋਂ ਬੋਲਦੀ ਹਾਂ, ਟੈਕਸਸ ਤੋਂ। ਹਾਂਜੀ ਹਾਂਜੀ ਭੈਣ ਜੀ। ਹਾਂਜੀ ਗੁਰੂ ਸਵਾਰਿਓ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਮੈਂ ਅੱਜ ਪਹਿਲੀ ਵਾਰ ਕਿੱਦਾਂ ਮੈਂ ਰੇਡੀਓ ਸੁਣਿਆ, ਮੈਨੂੰ ਵੀ ਪਤਾ ਕਿੱਦਾਂ ਲੱਗਿਆ, ਮੇਰਾ ਫੋਨ ਆਨ ਸੀ। ਤੇ ਬਹੁਤ ਵਧੀਆ, ਜਿੱਦਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਸਿੱਖਾਂ ਨੂੰ ਰਾਜਨੀਤੀ ਬਾਰੇ ਪਤਾ ਹੋਣਾ ਚਾਹੀਦਾ, ਤੁਹਾਨੂੰ ਬਖੂਬੀ ਪਤਾ ਹੈ ਤੇ ਬਹੁਤ ਸੋਹਣਾ ਤੁਸੀਂ ਬੋਲ ਰਹੇ ਹੋ। ਤੇ ਬਾਕੀ ਮੈਨੂੰ ਹੈ ਕਿ ਜਿਹੜੇ ਹੁਣ ਜੇ ਚੋਣਾਂ ਚੱਲੀਆਂ ਨੇ, ਏਦਾਂ ਲੱਗਦਾ ਹੈ ਜਿਸ ਤਰ੍ਹਾਂ ਤੁਸੀਂ ਨਾ ਹਿੰਦੁਸਤਾਨ 'ਚ ਬੈਠੇ ਹੋ ਹੈ। ਓਦਾਂ ਹੀ ਕੋਈ ਏਦਾਂ ਦੀ ਕੋਈ ਤਗੜਾ ਹੈ ਹੀ ਨਹੀਂ ਮੁੱਦਾ ਕਿ ਕਿਸ ਗੱਲ ਤੇ ਅਗਲੇ ਨੂੰ ਵੋਟ ਪਾਇਆ ਜਾਵੇ। ਚਲੋ ਵੋਟ ਤੇ ਆਪਾਂ ਪਾਤੀ, ਪਰ ਫਿਜ਼ਾ ਤੇ ਚੱਲਦੀ ਪਈ ਹੈ ਟਰੰਪ ਵੱਲ। ਪਰ ਜਿਸ ਥਾਂ ਮੈਂ ਰਹਿੰਦੀ ਹਾਂ ਇੱਥੇ, ਖਾਸ ਕਰ ਸਾਡੇ ਆਸੇ ਪਾਸੇ ਪਿੰਡ ਬੜੇ ਆ, ਤੇ ਉੱਥੇ ਨਾ ਜਦੋਂ ਕਿ ਜਿੱਤ ਜਾਂਦਾ ਨਾ ਕੋਈ ਰਿਪਬਲਿਕਨ ਜਿੱਤਦਾ, ਫਿਰ ਸਾਡੇ ਵਰਗਿਆਂ ਲਈ ਬੜਾ ਔਖਾ ਹੁੰਦਾ। ਉਹ ਏਡੀ ਟਿੱਚਰ ਜਿਹੀ ਨਿਗਾਹ ਨਾਲ ਸਾਨੂੰ ਦੇਖਦੇ ਨਾ, ਤੇ ਬੜਾ ਉਸ ਟਾਈਮ ਔਖਾ ਜਿਹਾ ਲੱਗਦਾ। ਇਸ ਕਰਕੇ ਬਸ ਮੈਨੂੰ ਪਤਾ ਸੀ ਫਿਜ਼ਾ ਸਾਰੀ ਜਾਂਦੀ ਪਈ ਹੈ ਟਰੰਪ ਵੱਲ, ਪਰ ਮੈਂ ਆਪਣਾ ਮਨ ਰੱਖਣ ਲਈ ਤਾਂ ਵੀ ਡੈਮੋਕ੍ਰੇਟਸ ਨੂੰ ਵੋਟ ਪਾਈ ਜੀ। ਚਲੋ ਹਾਂਜੀ ਹਾਂਜੀ। ਤੇ ਪਰ ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਬਹੁਤ ਹੀ ਖੂਬਸੂਰਤ ਤਿੰਨੋਂ ਜਣੇ ਬੜਾ ਵਧੀਆ ਪੇਸ਼ਕਾਰੀ ਕਰ ਰਹੇ ਹੋ। ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਜੀ। ਤੇ ਬ੍ਰੇਕ ਤੋਂ ਪਹਿਲਾਂ ਇੱਕ ਵਾਰੀ ਫੇਰ ਰਾਜਕਰਮਵੀਰ ਸਿੰਘ ਜੀ ਆਪਾਂ ਦੱਸਦੇ ਜਾਈਏ। ਹਾਂਜੀ ਇੱਕ ਚੀਜ਼ ਮੈਂ ਆਪਣੇ ਜਿਹੜੇ ਸਰੋਤਿਆਂ ਦੇ ਲਈ ਕਲੀਅਰ ਕਰ ਦਈਏ, ਰੇਡੀਓ ਦੇ ਉੱਤੇ ਬ੍ਰੇਕ ਆ, ਆਪਣੀ ਆਨਲਾਈਨ ਜਿਹੜੀ ਸਟ੍ਰੀਮ ਆ ਉਹ ਲਗਾਤਾਰ ਆਪਾਂ ਚੱਲਦੀ ਰੱਖਾਂਗੇ। ਜਿਹੜੇ ਰੇਡੀਓ ਵਾਲੇ ਆ ਉਹਨਾਂ ਦੇ ਲਈ ਅਸੀਂ ਜਿਹੜੀ ਉਹ ਬ੍ਰੇਕ ਲੈਣ ਜਾ ਰਹੇ ਹਾਂ, ਤੇ ਬਾਕੀ ਜਿਹੜੀ ਆ ਓਵਰਆਲ ਪ੍ਰੋਗਰਾਮ ਆ ਆਪਣਾ ਆਨਲਾਈਨ ਆ ਉਹ ਆਪਾਂ ਜਾਰੀ ਰੱਖਾਂਗੇ। ਪ੍ਰਵੀਨ ਸ਼ਰਮਾ ਜੀ ਹੁਣੀ, ਮਸੂਦ ਮੱਲੀ ਹੁਣੀ, ਉਹ ਵੀ ਬਾਹਰ ਬੈਠੇ ਇੰਤਜ਼ਾਰ ਕਰ ਰਹੇ ਆ ਵੀ ਕਦੋਂ ਵੇਟ ਵਾਰੀ ਜਿਹੜੀ ਉਹਨਾਂ ਦੀ ਆਉਣੀ ਆ। ਉਹਨਾਂ ਨੂੰ ਵੀ ਆਪਾਂ ਜਿਹੜਾ ਉਹ ਨਾਲ ਇਸ
ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਜੋੜਦੇ ਆ ਕੁਛ ਚਿਰ ਦੇ ਵਿੱਚ। ਤੇ ਹਾਲ ਦੀ ਘੜੀ ਹਾਂਜੀ ਹਰਜੋਤ ਸਿੰਘ ਜੀ ਤੁਸੀਂ ਨੰਬਰ ਜਿਹੜੇ ਉਹ ਦੱਸੋ ਤੇ ਫਿਰ ਆਪਾਂ ਬ੍ਰੇਕ ਵੱਲ ਨੂੰ ਜਾਂਦੇ ਜੇ ਮੈਂ ਐਸੋਸੀਏਟਡ ਪ੍ਰੈਸ ਦਾ ਦੱਸਦਾ ਜਾਵਾਂ, ਕਮਲਾ ਹੈਰਿਸ ਉਹਨਾਂ ਦੇ ਕੋਲ ਰਾਈਟ ਨਾਓ 205 ਇਲੈਕਟਰਲ ਵੋਟਸ ਆ, ਡੋਨਾਲਡ ਟਰੰਪ ਉਹਨਾਂ ਦੇ ਕੋਲ 230 ਆ, 270 ਚਾਹੀਦੇ ਆ ਜਿੱਤਣ ਦੇ ਲਈ। ਸੈਨੇਟ ਦੇ ਵਿੱਚ 50 ਜਿਹੜੇ ਆ ਰਿਪਬਲਿਕਨ ਸੈਨੇਟਰ ਕਨਫਰਮ ਹੋ ਚੁੱਕੇ ਆ, 41 ਜਿਹੜੇ ਆ ਡੈਮੋਕ੍ਰੇਟਸ ਆ। ਹਾਊਸ ਦੇ ਵਿੱਚ 171 ਰਿਪਬਲਿਕਨ ਕਾਂਗਰਸਮੈਨ ਕਾਂਗਰਸਵੂਮਨ ਕਨਫਰਮ ਹੋ ਚੁੱਕੇ ਆ, 129 ਡੈਮੋਕ੍ਰੇਟ। ਗਵਰਨਰ ਜਿਹੜੇ ਆ ਵੱਖ-ਵੱਖ ਸਟੇਟਾਂ ਦੇ 26 ਰਿਪਬਲਿਕਨ ਤੇ 23 ਡੈਮੋਕ੍ਰੇਟਸ, ਇਹ ਜਿਹੜੀਆਂ ਰਿਜ਼ਲਟਸ ਆ ਕਨਫਰਮ ਹੋ ਚੁੱਕੇ ਆ ਜੀ। ਬਿਲਕੁਲ, ਸੋ ਮੁਕਾਬਲਾ ਅਜੇ ਵੀ ਆਪਾਂ ਕਹਿ ਸਕਦੇ ਹਾਂ ਵੀ ਫਸਵਾਂ ਜਿਹੜਾ ਉਹ ਚੱਲ ਰਿਹਾ ਹੈਗਾ ਆ। ਤੇ ਆਪਾਂ ਇੱਕ ਜਿਹੜੀ ਹਰਜੋਤ ਸਿੰਘ ਜੀ ਬ੍ਰੇਕ ਲੈਣ ਜਾ ਰਹੇ ਹਾਂ। ਸੋ ਜਿੰਨੇ ਵੀ ਸਾਡੇ ਸਰੋਤੇ ਨੇ ਉਹ ਇਦਾਂ ਹੀ ਜਿਹੜੇ ਜੁੜੇ ਰਹੇ, ਕੁਛ ਹੀ ਮਿੰਟਾਂ ਦੇ ਵਿੱਚ ਅਸੀਂ ਮੁੜ ਕੇ ਦੁਬਾਰਾ ਤੁਹਾਡੇ ਨਾਲ ਜਿਹੜਾ ਉਹ ਜੁਆਇਨ ਕਰਦੇ ਹਾਂ। ਜਿਹੜੇ ਸਟਰੀਮਿੰਗ ਵਾਲੇ ਆ ਉਹ ਵੀ ਇਦਾਂ ਹੀ ਜਿਹੜੇ ਜੁੜੇ ਰਹੋ, ਆਪਾਂ ਤੁਹਾਡੇ ਨਾਲ ਜਿਹੜਾ ਉਹ ਮੁੜ ਜੁਆਇਨ ਕਰਦੇ ਹਾਂ ਕੁਛ ਹੀ ਜਿਹੜਾ ਉਹ ਮਿੰਟਾਂ ਦੇ ਵਿੱਚ। ਹਾਲ ਦੀ ਘੜੀ ਮੁਕਾਬਲਾ ਜਿਹੜਾ ਉਹ ਫਸਵਾਂ ਚੱਲ ਰਿਹਾ ਹੈ ਤੇ ਇਹਨਾਂ ਅਪਡੇਟਸ ਦੇ ਲਈ ਇਦਾਂ ਹੀ ਪੰਜਾਬੀ ਰੇਡੀਓ USA ਦੇ ਸਾਰੇ ਹੀ ਮਾਧਿਅਮਸ ਦੇ ਨਾਲ ਤੁਸੀਂ ਜੁੜੇ ਰਹਿਣਾ ਜੀ। ਸੋ ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਰੇਡੀਓ ਐਸਏ ਤੇ। ਆਪਾਂ ਗੱਲਬਾਤ ਕਰ ਰਹੇ ਹਾਂ ਯੂਐਸ ਪ੍ਰੈਜ਼ੀਡੈਂਟ ਇਲੈਕਸ਼ਨਸ ਰਿਜ਼ਲਟਸ ਨੂੰ ਲੈ ਕੇ 2024 ਨੂੰ ਲੈ ਕੇ। ਨਾਲ ਜੁੜ ਚੁੱਕੇ ਨੇ ਹਰਵਿੰਦਰ ਸਿੰਘ ਕੰਗ ਜੀ। ਹਰਵਿੰਦਰ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਤੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਸਾਡੇ ਸਾਰੇ ਮਾੜੇ ਵਿਊਅਰਸ ਤੇ ਸਰੋਤਿਆਂ ਦਾ ਇੱਕ ਵਾਰੀ ਫੇਰ ਤੇ ਨਿੱਘਾ ਜੀ ਆਖਦੇ ਜੀ ਜੀ। ਜਿਸ ਦਿਨ ਦਾ ਇੰਤਜ਼ਾਰ ਸੀ ਹੈਰਿਸ ਡੈਮੋਕ੍ਰੇਟਸ ਜਾਂ ਰਿਪਬਲਿਕਨ ਤੇ ਟਰੰਪ ਦੇ ਸਮਰਥਕਾਂ ਨੂੰ, ਉਹ ਅਸਲ ਦੇ ਵਿੱਚ ਉਹ ਹੁਣ ਘੜੀਆਂ ਉਹ ਪਲ ਚੱਲ ਰਹੇ ਨੇ
ਇਲੈਕਸ਼ਨ ਰਿਜ਼ਲਟਸ ਦੀ ਜਿਹੜੀ ਗਿਣਤੀ ਆ, ਨਤੀਜਿਆਂ ਦੀ ਗਿਣਤੀ, ਉਹ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਤੇ ਇਸ ਟਾਈਮ ਮੈਨੂੰ ਲੱਗਦਾ ਹਰਵਿੰਦਰ ਟਰੰਪ ਖੇਮਾ ਇਸ ਟਾਈਮ ਤੱਕ ਕਾਫੀ ਜਸ਼ਨ ਦੇ ਮਾਹੌਲ 'ਚ ਹੀ ਹੋਊ। ਹਾਂਜੀ ਜੀ ਬਿਲਕੁਲ, ਇਸ ਟਾਈਮ ਤੇ ਟੈਲੀ ਦੇਖੀ ਜਾਏ ਤੇ ਜਿਹੜੇ ਹੈਰਿਸ ਆ, ਕਮਲਾ ਹੈਰਿਸ, ਉਹਨਾਂ ਨੂੰ 209 ਜੀ ਜਿਹੜੀਆਂ ਆਪਾਂ ਕਹਿ ਸਕਦੇ ਆ ਕਿ 209 ਕੈਂਡੀਡੇਟਸ ਉਹਨਾਂ ਕੋਲੇ ਆ, ਸੀਟਸ ਉਹਨਾਂ ਕਹਿ ਸਕਦੇ ਆ, ਤੇ ਟਰੰਪ ਕੋਲ 230 ਆ, ਫਾਰਮਰ ਪ੍ਰੈਜ਼ੀਡੈਂਟ ਟਰੰਪ ਕੋਲੇ। ਸੋ ਹੁਣੇ ਜਿਹੜੀ ਖਬਰ ਆਈ ਆ ਕਿ ਹਵਾਈ ਦੀ ਜਿਹੜੀ ਇਲੈਕਸ਼ਨ ਤੇ ਗਈ ਆ, ਤੇ ਹਵਾਈ ਦੀ ਕਾਲ ਜਿਹੜੀ ਆ ਉਹ ਕਮਲਾ ਹੈਰਿਸ ਦੇ ਹੱਕ ਵਿੱਚ ਗਈ ਆ, ਤੇ ਉਹਦੇ ਕਰਕੇ ਉਹਨਾਂ ਦੀ ਜਿਹੜੀ ਟੋਟਲ ਟੈਲੀ ਆ ਉਹ 209 ਹੋ ਗਈ ਜੀ ਜੀ। 270 ਵੋਟਾਂ ਜਿਹੜੀਆਂ ਜਾਂ 270 ਸੀਟਸ ਜਿਹੜੀਆਂ ਟੋਟਲ ਚਾਹੀਦੀਆਂ, ਪ੍ਰੈਜ਼ੀਡੈਂਟ ਟਰੰਪ ਨੂੰ 40 ਚਾਹੀਦੀਆਂ, ਤੇ ਜਿਹੜੇ ਕਮਲਾ ਹੈਰਿਸ ਆ ਉਹਨਾਂ ਨੂੰ, ਜੇ ਅਸੀਂ ਉਹਨਾਂ ਦੀ ਗਿਣਤੀ ਕਰੀਏ ਤੇ ਤਕਰੀਬਨ ਸੀਟਾਂ ਚਾਹੀਦੀਆਂ। ਜਿਹੜੀ ਗੱਲ ਪ੍ਰਵੀਨ ਜੀ ਫਸਵੀਂ ਆ ਉਹ ਇਹ ਆ ਕਿ ਜਿਹੜੀਆਂ ਕੀ ਰੇਸਿਸ ਆ ਸਟੇਟਸ ਆ, ਜਾਰਜੀਆ ਹੋ ਗਈ, ਪੈਨਸਿਲਵੇਨੀਆ ਹੋ ਗਈ, ਮਿਸ਼ੀਗਨ, ਵਿਸਕੌਨਸਨ, ਐਰੀਜ਼ੋਨਾ, ਉਹਨਾਂ ਦੇ ਵਿੱਚ ਰੈਸ ਪਰ ਵੀ ਬੜੀ ਫਸਵੀਂ ਟੱਕਰ ਆ, ਤੇ ਅਜੇ ਕੁਛ ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ। ਤੇ ਨਾਲ ਦੀ ਨਾਲ ਇਹ ਦੱਸਦੀ ਹੈ ਕਿ ਕੈਲੀਫੋਰਨੀਆ ਟਾਈਮ ਦੇ ਅਨੁਸਾਰ, ਕਿਉਂਕਿ ਹੁਣ 9 ਵੱਜ ਚੁੱਕੇ ਆ, ਤੇ 9 ਵਜੇ ਜਿਹੜੀ ਸਾਰੀਆਂ ਵੋਟਿੰਗ ਹੈਗੀਆਂ ਉਹ ਕਲੋਜ਼ ਹੋ ਚੁੱਕੀਆਂ। ਜਿਹੜੀ ਫੀਡਰ 2 ਸਟੇਟਸ ਹੁੰਦੀਆਂ, ਅਲਾਸਕਾ ਤੇ ਹਵਾਈ, ਉਹਨਾਂ ਦੀ ਜਿਹੜੀ ਗਿਣਤੀ ਆ ਉਹ ਵੀ ਉੱਥੇ ਜਿਹੜੀ ਵੋਟਿੰਗ ਉਹ ਜਿਹੜੀ ਉਹ ਖਤਮ ਹੋ ਚੁੱਕੀ ਆ। ਹੁਣ ਜਿਹੜੀ ਕੰਪੀਟੀਸ਼ਨ ਦੇ ਵਿੱਚ ਇੱਕ ਸਟੇਟ ਸੀ ਮਿਨੇਸੋਟਾ, ਉੱਥੇ ਪਹਿਲਾਂ ਡੋਨਾਲਡ ਟਰੰਪ ਅੱਗੇ ਚੱਲ ਰਹੇ ਸੀ, ਉੱਥੇ 10 ਇਲੈਕਟੋਰਲ ਵੋਟਸ ਆ, ਸੀਟਸ ਵੀ ਕਹਿ ਲੈਂਦੇ ਆ, ਉੱਥੇ ਇਸ ਟਾਈਮ ਦੇ ਉੱਤੇ ਕਮਲਾ ਹੈਰਿਸ ਜਿਹੜੇ ਆ ਉਹ ਹੁਣ ਅੱਗੇ ਚੱਲ ਰਿਹਾ, ਤੇ ਉਹ ਬਲੂ ਲੀਨਿੰਗ ਸਟੇਟ ਦੇ ਵੱਲ ਵਧ ਰਹੀ ਹੈ। ਪਰ ਬਾਕੀ ਜਿਹੜੀਆਂ ਕੀ ਸਟੇਟਸ ਆ ਜਿਹੜੀ ਮੈਂ ਪਹਿਲਾਂ ਗੱਲ ਕੀਤੀ, ਉਹਨਾਂ ਦੇ ਵਿੱਚ ਜਿਹੜੀ ਰਿਪਬਲਿਕਨ ਪਾਰਟੀ ਜਾਂ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਅੱਗੇ ਚੱਲ ਰਹੇ ਆ। ਜੀ ਬਿਲਕੁਲ ਹਰਵਿੰਦਰ, ਬਿਲਕੁਲ ਆਪਣੇ ਨਾਲ ਕੁਝ ਕਾਲਰ ਵੀ ਜੁੜੇ ਨੇ ਤੇ ਆਪਾਂ ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਬ੍ਰੇਕ ਦੇ ਦਰਮਿਆਨ ਤੇ ਬ੍ਰੇਕ ਤੋਂ ਪਹਿਲਾਂ ਆਪਣਾ ਪੇਸ਼ੈਂਸ ਬਣਾਈ ਰੱਖਿਆ, ਤੇ ਉਹਨਾਂ ਦੀ ਰਾਏ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਵਰਿੰਦਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਵਰਿੰਦਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਦੇ ਉੱਤੇ ਭਾਜੀ ਸਾਰੀ ਟੀਮ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਤੁਹਾਡਾ ਪ੍ਰੋਗਰਾਮ ਦੇਖ ਰਹੇ ਸੀ ਭਾਜੀ ਬਹੁਤ ਵਧੀਆ ਲੱਗ ਰਿਹਾ ਸੀਗਾ, ਵਧੀਆ ਤੁਸੀਂ ਦੱਸ ਰਹੇ ਹੋ ਸਾਰੀ ਖਬਰ ਦੇ ਰਹੇ ਹੋ ਤੁਸੀਂ ਭਾਜੀ। ਮੈਂ ਇਸ ਟਾਈਮ ਤੇ ਹੈਗਾ ਨਿਊ ਮੈਕਸੀਕੋ ਵਿੱਚ ਭਾਜੀ। ਨਿਊ ਮੈਕਸੀਕੋ ਦੇ ਵਿੱਚ ਜੀ ਜੀ। ਹਾਂਜੀ ਜੀ। ਤੇ ਮੈਂ ਭਾਜੀ ਇਹ ਗੱਲ ਕਹਿਣੀ ਸੀਗੀ ਵੀ ਚਲੋ ਚਾਹੇ ਟਰੰਪ ਜਿੱਤੇ ਚਾਹੇ ਆਪਣੇ ਕਮਲਾ ਹੈਰਿਸ ਜਿੱਤੇ, ਪਰ ਸਾਨੂੰ ਤਾਂ ਆਪਣੀ ਮਿਹਨਤ ਕਰਨੀ ਪੈਣੀ ਹੈ। ਬਟ ਸਾਨੂੰ ਜਿਹੜੇ ਆ ਇੱਕ ਦੂਜੇ ਦੇ ਪ੍ਰਤੀ ਜਿਹੜੇ ਆਪਾਂ ਬਿਆਨਬਾਜ਼ੀ ਕਰਦੇ ਆ ਜਾਂ ਆ ਬਾਰਡਰ ਬਾਰੇ ਗੱਲ ਕਰਦੇ ਆ, ਇਹ ਆਪਣੇ ਲਈ ਗਲਤ ਗੱਲ ਹੈ। ਤੇ ਆ ਮੈਂ ਪਿੱਛੇ ਭਾਜੀ ਉਹਨਾਂ ਦੀ ਸੁਣੀ ਸੀਗੀ ਕਿ ਲੇਡੀਜ਼ ਬਾਰੇ ਕਹਿ ਰਹੇ ਸੀਗੇ, ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਉਹਨਾਂ ਦੇ ਘਰ 'ਚ ਵੀ ਇੱਕ ਲੇਡੀਜ਼ ਹੈ ਜਿਹੜੇ ਘਰ ਨੂੰ ਸੁਧਾਰਦੇ। ਤੇ ਦੂਜੀ ਗੱਲ ਭਾਜੀ ਇੱਕ ਇਹ ਹੈ ਕਿ ਬਾਰਡਰ ਟੱਪ ਕੇ ਆ ਰਹੇ ਆ, ਉਹ ਸਾਡੀਆਂ ਖੁਦ ਦੀਆਂ ਗਲਤੀਆਂ ਨੇ ਕਿ ਜਿਹਨਾਂ ਕਰਕੇ ਕਿ ਜਿਹੜੀ ਪਿੱਛੇ ਸਾਡੇ ਜਨਰੇਸ਼ਨ ਹੈ ਜਿਹੜੀ ਉਹ ਇੱਧਰ ਨੂੰ ਬਾਰਡਰ ਟੱਪ ਕੇ ਆ ਰਹੀ। ਜੀ ਜੀ ਬਿਲਕੁਲ, ਕਿਉਂਕਿ ਅਸੀਂ ਮਿਹਨਤ ਕਰਦੇ ਆ ਭਾਜੀ, ਟਰੱਕ ਚਲਾਉਂਦੇ ਆ, ਤੇ ਅਸੀਂ ਤਕਰੀਬਨ ਮੈਂ ਆਪ ਖੁਦ ਜਾਂਦਾ ਵਾ 10 ਤੋਂ 15 ਸਟੇਟਾਂ ਘੁੰਮ ਕੇ ਆਉਣਾ ਮੈਂ। ਅਸੀਂ ਵੀ ਇੱਥੇ ਭਾਜੀ ਤੁਹਾਨੂੰ ਪਤਾ ਹੀ ਹੈ ਟਰੱਕਿੰਗ ਵੀ ਲਾਈਫ ਕਿੱਦਾਂ ਦੀ ਹੈ। ਜੀ ਜੀ ਬਿਲਕੁਲ ਬਿਲਕੁਲ। ਹਾਂਜੀ, ਕੋਈ ਸ਼ੂ ਪਾ ਕੇ ਚਲਾ ਰਿਹਾ, ਕੋਈ ਚੱਪਲ ਤੇ ਚਲਾ ਰਿਹਾ, ਕੋਈ ਪਜਾਮੇ 'ਚ ਚਲਾ ਰਿਹਾ। ਪਰ ਜਦੋਂ ਅਸੀਂ ਇੰਡੀਆ 'ਚ ਜਾਂਦੇ ਆ, ਸਾਡੇ ਹੱਥ ਵਿੱਚ ਆਈਫੋਨ ਹੁੰਦੇ ਆ, ਕੰਨਾਂ 'ਚ ਏਅਰ ਹੁੰਦੇ ਆ ਲਾਏ ਹੁੰਦੇ ਆ, ਤੇ ਜੋਰਡਨ ਦੇ ਸ਼ੂ, ਨਾਈਕੀ ਦੇ ਸ਼ੂ। ਫਿਰ ਉਹ ਜਿਹੜਾ ਸਾਡਾ ਜਿਹੜਾ ਨਵਾਂ ਕਲਚਰ ਆ ਉੱਥੇ ਦਾ, ਉਹ ਸਾਨੂੰ ਵਾਚ ਕਰਦਾ ਵਾ, ਤੇ ਫਿਰ ਉਹ ਸੋਚਦਾ ਵੀ ਇਹ ਉੱਥੇ ਸੌਖੇ ਨੇ ਤੇ ਫਿਰ ਆਪਾਂ ਵੀ ਉੱਥੇ ਚੱਲੀਏ। ਦੇਖੋ ਦੇਖੀ ਬਾਕੀ ਹਾਂਜੀ ਦੇਖੋ ਦੇਖੀ। ਬਾਕੀ ਮੈਂ ਸਾਰੇ ਵੀਰਾਂ ਨੂੰ ਇਹ ਗੱਲ ਕਹਿਣਾ ਵੀ ਜਿੱਤੇ ਭਾਵੇਂ ਜਿਹੜੀ ਮਰਜ਼ੀ ਪਾਰਟੀ, ਪਰ ਆਪਸ ਦੇ ਵਿੱਚ ਪ੍ਰੇਮ ਪਿਆਰ ਦੇ ਨਾਲ ਰਹੋ। ਬਿਲਕੁਲ ਸਹੀ। ਹਾਂ, ਤੇ ਬਾਕੀ ਕਿਸੇ ਦੇ ਪ੍ਰਤੀ ਕੋਈ ਈਰਖਾ ਨਾ ਰੱਖੋ। ਜੀ ਜੀ। ਤੇ ਆਪਾਂ ਸਾਰੇ ਇੱਥੇ ਭਰਾ ਵਾ, ਤੇ ਅਸੀਂ ਰਲ ਕੇ ਕੰਮ ਕਰਨਾ ਵਾ। ਸਾਨੂੰ ਸਾਰੀਆਂ ਸਰਕਾਰਾਂ ਸੀ ਜੀ। ਬਿਲਕੁਲ ਬਿਲਕੁਲ। ਥੈਂਕ ਯੂ ਵਰਿੰਦਰ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਬਿਲਕੁਲ ਬਹੁਤ ਧੰਨਵਾਦ ਜੀ, ਥੈਂਕ ਯੂ। ਸੋ ਬਿਲਕੁਲ ਉਦੋਂ ਵੀ ਹਰਜੋਤ ਸਿੰਘ ਖਾਲਸਾ ਜੀ ਨੇ ਵੀ ਇਹ ਗੱਲ ਕਹੀ ਸੀ ਕਿ ਜੈਂਡਰ ਦੇ ਆਧਾਰ ਤੇ, ਲਿੰਗ ਦੇ ਆਧਾਰ ਤੇ ਤੁਸੀਂ ਇਹ ਮਰਦ ਹੈ ਜਾਂ ਔਰਤ ਹੈ, ਇਹਦੇ ਨਾਲ ਆਪਾਂ ਕਿਸੇ ਨੂੰ ਨਾ ਉਹਦੀਆਂ ਸਮਰੱਥਾਵਾਂ ਨੂੰ, ਉਹਦੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਜਿਹੜੀਆਂ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਆਪਾਂ ਚੈਲੰਜ ਨਾ ਕਰੀਏ, ਤੇ ਨਾ ਹੀ ਉਹਨੂੰ ਇਸ ਆਧਾਰ ਤੇ ਮੇਰੇ ਖਿਆਲ 'ਚ ਹੋਣੀਆਂ ਵੀ ਨਹੀਂ ਚਾਹੀਦੀਆਂ ਚੀਜ਼ਾਂ ਡਿਸਕਸ। ਆਪਣੇ ਨਾਲ ਹਰਵਿੰਦਰ ਜੀ ਇੱਕ ਵਾਰ ਫਿਰ ਤੋਂ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਜੀ। ਹਰਜੋਤ ਸਿੰਘ ਜੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਧੰਨਵਾਦ ਪ੍ਰਵੀਨ ਜੀ ਤੇ ਹਰਵਿੰਦਰ ਸਿੰਘ ਕੰਗ ਜੀ। ਕੁਝ ਕੁ ਅਪਡੇਟ ਕਰਦੇ ਜਾਈਏ ਤੇ ਐਮੀ ਕਲੋਵਚਰ ਜਿਹੜੀ ਮਿਨੇਸੋਟਾ ਤੋਂ ਸੈਨੇਟਰ ਹੈਗੇ ਆ, ਡੈਮੋਕ੍ਰੇਟ ਆ, ਉਹ ਆਪਣੀ ਸੀਟ ਉਹਨਾਂ ਨੇ ਜਿਹੜੀ ਵਿਨ ਕਰ ਲਈ ਹੈਗੀ ਆ। ਮਲਾਨੀਆ ਟਰੰਪ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਵਾਈਫ ਆ, ਉਹਨਾਂ ਨੇ ਕਿਹਾ ਵੀ ਉਹਨਾਂ ਦਾ ਜਿਹੜਾ ਮੁੰਡਾ ਬੈਰਨ ਟਰੰਪ ਆ, ਉਹਨਾਂ ਪਹਿਲੀ ਵਾਰੀ ਜਿਹੜੀ ਵੋਟ ਆ ਆਪਣੇ ਡੈਡ ਨੂੰ ਪਾਈ ਆ, ਉਹ 18 ਸਾਲਾਂ ਦਾ ਹੋ ਚੁੱਕਿਆ ਹੈਗਾ। ਨਿਊ ਮੈਕਸੀਕੋ ਚ ਕਮਲਾ ਹੈਰਿਸ ਹੁਣੀ ਪ੍ਰੋਜੈਕਟ ਕੀਤੇ ਜਾ ਰਿਹਾ ਵੀ ਨਿਊ ਮੈਕਸੀਕੋ ਸਟੇਟ ਨੂੰ ਉਹ ਜਿੱਤ ਗਏ ਹੈਗੇ ਆ। ਮੈਜ਼ੀ ਹਰੇਨੋ ਜੋ ਹਵਾਈ ਦੇ ਸੈਨੇਟਰ ਹੈਗੇ ਆ, ਉਹ ਵੀ ਆਪਣੀ ਸੀਟ ਜਿਹੜੀ ਆ ਦੁਬਾਰਾ ਜਿੱਤ ਗਏ ਹੈਗੇ ਆ। ਡੈਮੋਕ੍ਰੇਟ ਇਨਕੰਬੈਂਟ ਸੀਗੇ। ਜੀ ਜੀ ਜੀ। ਕੁਝ ਕਾਲਰ ਆਪਣੇ ਨਾਲ ਹੋਰ ਜੁੜੇ ਨੇ। ਪਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਰਮਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਤਾਂ ਮੈਂ ਦੋ ਮਲਾਮ ਲਾ ਕੇ ਕੱਟਿਆ, ਕਾਰਨ ਇਹ ਸੀ ਕਿ ਕੁਝ ਕੰਮ ਚੱਲ ਰਿਹਾ ਸੀ ਕੰਸਟਰਕਸ਼ਨ ਦਾ, ਸ਼ੋਰ ਬੜਾ ਰਿਹਾ ਸੀ। ਸੌਰੀ, ਕੋਈ ਗੱਲ ਨਹੀਂ। ਤੇ ਬਹੁਤ ਅੱਛਾ ਤੁਸੀਂ ਸਾਰਿਆਂ ਨੂੰ ਜਾਣਕਾਰੀ ਦੇ ਰਹੇ ਹੋ ਜੀ ਜੀ, ਜੋ ਦੇ ਰਹੇ ਹੋ। ਤੇ ਜਿੱਤਣਾ ਤਾਂ ਦੇਖੋ ਦੋਨਾਂ ਚੋਂ ਕਿਸੇ ਇੱਕ ਨਹੀਂ ਹੈ ਨਾ, ਚਾਹੇ ਜ਼ਿਆਦਾ ਨਾ ਜਿੱਤੇ ਕੋਈ ਘੱਟ ਨਾ ਜਿੱਤੇ। ਉਹ ਐਤਕੀ ਇੰਟਰਸਟਿੰਗ ਇਹ ਚੀਜ਼ ਹੈਗੀ ਹੈ ਕਿ ਕੁੰਡੀਆਂ ਕੀ ਕਹਿੰਦੇ ਪੰਜਾਬੀ ਚ, ਕੁੰਡੀਆਂ ਦੇ ਸਿੰਘ ਫਸ ਗਏ ਤੇ ਕੋਈ ਜਿੱਤੇਗੀ ਕੀ ਕੁਛ ਕਹਿੰਦੇ ਬੜੇਵੇਂ ਖਾਣੀ। ਹਾਂਜੀ ਤੇ ਉਹ ਕਹਾਣੀ ਬਣੀ ਪਈ ਹੈ। ਬਾਕੀ ਦੂਸਰਾ ਜਿਹੜਾ ਇੱਕ ਦੂਸਰੇ ਦੇ ਉੱਤੇ ਕਮੈਂਟ ਕਰਦੇ ਆ ਹੈ ਤੇ ਇਹ ਸਰਾਹਨਾਯੋਗ ਹੈਗੇ, ਪਰ ਹਰ ਕੋਈ ਕਹਿੰਦਾ ਕਿ ਮੈਂ ਜੀ ਮੀਡੀਆ 'ਚ ਆਪਣੇ ਜਜ਼ਬਾਤ ਪੇਸ਼ ਕਰਾਂ। ਜੀ ਜੀ, ਤੇ ਉਹਨਾਂ ਨੂੰ ਚਾਂਸ ਦਿੱਤਾ। ਤੁਸੀਂ ਵੀ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਹਰੇਕ ਨੂੰ ਬੋਲਣ ਦਾ ਮੌਕਾ ਦਿੰਦੇ ਹੋ। ਤੇ ਉਹ ਤੁਹਾਡੀ ਇੱਕ ਐਡ ਆਉਂਦੀ ਹੁੰਦੀ ਸੀ ਨਾ ਜੀ, ਮੈਂ ਗੈਂਬੋ ਖੁਸ਼ੂਆ, ਉਹ ਹਾਲ ਪਹੁੰਚਾਣੀ ਗੱਲ ਕੋਈ ਬਣੀ ਨੀ ਹੈਗੀ। ਤੇ ਉਹ ਹੋਏਗਾ ਰਿਜ਼ਲਟ ਸਾਰੇ ਸੁਣ ਕੇ ਸਵੇਰ ਨੂੰ ਪਤਾ ਨੀ ਪਾਸਾ ਕਿੱਧਰ ਨੂੰ ਪਲਟ ਜਾਣਾ ਹੈ। ਬਿਲਕੁਲ ਜੀ। ਆਪਣੇ ਲਿੰਕ ਪਲਿੰਗ ਨੂੰ ਵੀ ਸੋਚ ਕੇ ਬੋਲਣਾ ਚਾਹੀਦਾ ਹੈ। ਬਿਲਕੁਲ ਵੀਰ ਜੀ ਬਹੁਤ ਚੰਗਾ ਕਹਿ ਕੇ ਗਏ ਨੇ, ਕਿਉਂਕਿ ਇਹ ਨੈਸ਼ਨਲ ਮੀਡੀਆ ਹੈਗਾ, ਦੂਰ ਤੱਕ ਆਵਾਜ਼ ਜਾਂਦੀ ਹੈ। ਤੋ ਬੰਦੇ ਕਈ ਵਾਰੀ ਨਹੀਂ ਜਜ਼ਬਾਤ ਨੂੰ ਕਾਬੂ ਕਰ ਸਕਦਾ ਬੰਦਾ, ਕਈ ਵਾਰੀ ਗਾਲਾਂ ਵੀ ਕਈ ਕੱਢ ਜਾਂਦੇ ਨੇ। ਚਲੋ ਉਹਨਾਂ ਨੂੰ ਅਸੀਂ ਅੱਛੇ ਸਰੋਤੇ ਜਿਹੜੇ ਨੇ ਉਹ ਮਾਫ ਹੀ ਕਰ ਦਿੰਦੇ ਨੇ ਨਾ, ਕਿਸੇ ਨੂੰ ਡਾਂਗ ਪਾਈ ਜਾ ਸਕਦੀ। ਔਰ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਹੈ, ਤੁਸੀਂ ਇੰਨਾ ਸਮਾਂ ਸਭ ਵਾਸਤੇ ਕੱਢ ਰਹੇ ਹੋ ਔਰ ਅੱਛੀ ਰਿਪੋਰਟ ਦੇ ਰਹੇ ਹੋ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਪਰਮਜੀਤ ਜੀ, ਬਹੁਤ ਬਹੁਤ। ਗਗਨਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤਾਂ ਮੈਂ ਕਈ ਗੱਲ ਕਰਨੀ ਹੈ ਜੀ। ਹੁਣ ਟਰੰਪ ਜਿੱਤਦੇ ਆ, ਹਾਂਜੀ, ਤੇ ਹੁਣ ਇਹਨਾਂ ਦੀ ਜਿਹੜੀ ਟਰਮ ਜਿਹੜੀ ਹੁਣ ਦੁਬਾਰਾ ਖਤਮ ਹੋਣੀ 2028 ਚ ਹੋਣੀ ਆ। ਹਾਂਜੀ, 24 ਦੇ ਹਿਸਾਬ ਨਾਲ ਤਾਂ 4 ਸਾਲਾਂ ਬਾਅਦ 28। 4 ਸਾਲ। ਹਾਂਜੀ, ਗੱਲ ਕਰਨੀ ਹੈ ਇਹਦੇ ਵਿੱਚ ਇੱਕ ਚੀਜ਼ ਧਿਆਨ ਦੇਣ ਵਾਲੀ ਲੋੜ ਹੈ ਕਿ ਜਿਹੜਾ ਇਹਨਾਂ ਦਾ ਸਹੁੰ ਚੁੱਕ ਸਮਾਗਮ ਦੇ ਇਕੁਇਵਲੈਂਟ ਕਹਿ ਲਓ 20 ਤਰੀਕ ਨੂੰ ਆਮ ਤੌਰ 20 ਜਨਵਰੀ ਇੱਕ ਹੋਰ ਗੱਲ ਕਰਨੀ ਹੈ ਦ ਫੋਲੋਇੰਗ ਈਅਰ ਤੇ ਜੀ। ਹਾਂਜੀ ਕਰੋ। ਉਹਦੀ ਐਕਚੁਅਲ ਇੱਕ ਹੋਰ ਗੱਲ ਕਰਨੀ ਆ। ਇਹ ਜਿਹਨਾਂ ਨੇ ਆਪਣਾ ਕੈਲੀਫੋਰਨੀਆ ਚ ਫ੍ਰਿਜ਼ਨੋ ਸਿਟੀ ਚ ਜਸਵੰਤ ਸਿੰਘ ਖਾਲੜੇ ਦੇ ਨਾਂ ਦੇ ਪਾਰਕ ਹੈ, ਜਿਨ੍ਹਾਂ ਨੇ ਬਣਾਇਆ ਆਪਣੇ ਇੰਡੀਅਨ ਕੌਂਸਲ ਆ, ਉਹ ਡੈਮੋਕ੍ਰੇਟਸ ਆ, ਉਹ ਰਿਪਬਲਿਕਨ ਆ। ਨਹੀਂ, ਉਹ ਕੌਂਸਲ ਨੇ ਨਹੀਂ ਬਣਾਇਆ ਜੀ, ਇੰਡੀਅਨ ਕੌਂਸਲੇਟ ਨੇ ਥੋੜਾ ਬਣਾਇਆ ਜੀ ਉਹ। ਹਾਂਜੀ, ਉਹ ਨਹੀਂ, ਉਹ ਤਾਂ ਇੱਥੋਂ ਦੀ ਜਕਾਰਾ ਜਥੇਬੰਦੀ ਹੈ ਤੇ ਹੋਰ ਜਥੇਬੰਦੀਆਂ ਨੇ, ਉਹਨਾਂ ਨੇ ਉਹਦਾ ਨਾਮ ਰਖਾਇਆ ਸੀਗਾ ਜੀ। ਉਹ ਸਿਟੀ ਦਾ ਉਹਦੇ ਵਿੱਚ ਰੋਲ ਆ, ਇੰਡੀਅਨ ਕੌਂਸਲ ਦਾ ਕੋਈ ਉਹਦੇ ਚ ਚੱਕਰ ਨਹੀਂਗਾ। ਹਾਂਜੀ ਠੀਕ ਹੈ। ਹਾਂਜੀ, ਥੈਂਕ ਯੂ। ਓਕੇ ਜੀ ਗਗਨਦੀਪ ਜੀ, ਥੈਂਕ ਯੂ। ਸਰਬਜੀਤ ਸਿੰਘ ਸਰਾਂ ਜੀ, ਸਤਿ ਸ਼੍ਰੀ ਅਕਾਲ ਸਰਬਜੀਤ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਤਿੰਨਾਂ ਭਰਾਵਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਰਿਪੋਰਟਿੰਗ ਹੋ ਰਹੀ। ਸਾਡੀ ਵੀ 1.5 ਘੰਟੇ ਦੀ ਡਰਾਈਵ ਸੀਗੀ, ਹੁਣੇ ਪਹੁੰਚੇ ਆ ਤੇ ਏਦਾਂ ਲੱਗਿਆ ਵੀ ਪਤਾ ਨਹੀਂ ਲੱਗਿਆ। ਤੁਸੀਂ ਤਾਂ ਕਮਾਲ ਦੀ ਪੇਸ਼ਕਸ਼ ਕਰ ਰਹੇ ਜੀ ਸਾਰੇ ਜਾਣੇ। ਧੰਨਵਾਦ ਜੀ, ਧੰਨਵਾਦ, ਥੈਂਕ ਯੂ। ਬਹੁਤ ਚੜ੍ਹਦੀ ਕਲਾ ਚ ਇਸੇ ਤਰ੍ਹਾਂ ਕਰੀ ਜਾਓ। ਬਾਕੀ ਭਰਾਵਾਂ ਨੂੰ ਬੇਨਤੀ ਆ, ਪੰਜਾਬੀ ਰੇਡੀਓ USA ਦੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ। ਦੇਖੋ ਕਿੰਨੀ ਰਾਤ ਤੱਕ ਬੰਦੇ ਪਾਸੇ ਜਾਗ ਰਹੇ ਆ। ਜੀ ਜੀ ਜੀ, ਬਹੁਤ ਬਹੁਤ ਸਾਰਿਆਂ ਦਾ ਤੁਹਾਡਾ ਧੰਨਵਾਦ ਜੀ, ਤੁਹਾਡੇ ਸਰੋਤਿਆਂ ਦਾ ਵੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਤੁਹਾਡਾ ਵੀ। ਸਾਡੇ ਸਰੋਤੇ ਕਹਿ ਰਹੇ ਆ ਵੀ ਬਹੁਤ ਸਾਰੇ ਉਹਨਾਂ ਦੇ ਨਿਆਣੇ ਵੀ ਜਿਹੜੇ ਆ ਹਜੇ ਸੌ ਨਹੀਂ ਰਹੇ, 8 ਸਾਲਾਂ ਦਾ, ਇੱਕ 14 ਸਾਲਾਂ ਦਾ, ਉਹ ਵੀ ਜਿਹੜੇ ਰਿਜ਼ਲਟਸ ਆ ਉਹ ਸੁਣ ਰਹੇ ਹੈਗੇ ਆ। ਜਸਮੀਤ ਬੈਂਸ ਵਾਲੀ ਜਿਹੜੀ ਸੀਟ ਆ ਉੱਥੋਂ ਥੋੜੇ ਜਿਹੇ ਰਿਜ਼ਲਟ ਆਏ ਆ। ਉਹਨਾਂ ਦੇ ਕੋਲ 58.3% ਆ। ਉਹਨਾਂ ਦਾ ਜਿਹੜਾ ਵਿਰੋਧੀ ਹੈਗਾ ਰੋਬਰਟ ਰੋਸਸ, ਉਹਦੇ ਕੋਲ 41.7% ਆ। ਪਰ ਇਹ ਸੀਟ ਜਿਹੜੀ ਆ ਈਜ਼ਲੀ ਜਿੱਤ ਜਾਣੀ ਆ।
ਸਭ ਤੋਂ ਜ਼ਿਆਦਾ ਜਿਹੜੀ ਫਸਵੀਂ ਟੱਕਰ ਆ ਉਹ ਡੇਵਿਡ ਬਲਡਾਹੋ ਦੀ ਆ, ਕਿਉਂਕਿ ਪਿਛਲੀ ਵਾਰੀ ਵੀ ਉਹ ਸਿਰਫ ਮੇਰੇ ਖਿਆਲ ਨਾਲ 800 ਵੋਟ ਤੇ ਹੀ ਜਿੱਤੇ ਸੀਗੇ। ਉਹ ਜ਼ਰੂਰ ਤੁਹਾਡੇ ਨਾਲ ਆਪਾਂ ਜਿਹੜੀ ਆ ਜਦੋਂ ਹੀ ਅਪਡੇਟ ਹੋਈ ਉਹ ਤੁਹਾਡੇ ਨਾਲ ਸਾਂਝੀ ਕਰ ਦਾਂਗੇ, ਕਿਉਂਕਿ ਹਜੇ ਕੈਲੀਫੋਰਨੀਆ 'ਚ ਇੰਨੀ ਜ਼ਿਆਦਾ ਜਿਹੜੀ ਕਾਊਂਟਿੰਗ ਨਹੀਂ ਹੋਈ। ਦੂਸਰਾ ਇਹ ਆ ਵੀ ਉਹਨਾਂ ਦਾ ਏਰੀਆ ਜਿਹੜਾ ਕਰਨ ਕਾਉਂਟੀ ਆ, ਬਹੁਤ ਸਾਰਾ ਪੇਂਡੂ ਏਰੀਆ, ਰੂਰਲ ਏਰੀਆ ਹੈਗਾ ਆ। ਸੋ ਫਾਰ ਜਿੰਨੀ ਕਾਊਂਟਿੰਗ ਹੋਈ ਆ ਉਹਦੇ 'ਚ ਡੇਵਿਡ ਬਲਡਾਹੋ ਉਹਨਾਂ ਦੇ ਕੋਲ 53.8% ਆ, ਰੂਡੀ ਸਾਲਿਸ ਕੋਲ 46.2% ਆ। ਜੀ ਬਿਲਕੁਲ ਜੀ ਹਰਜੋਤ ਜੀ, ਇਹਦੇ 'ਚ ਇੱਕ ਅਹਿਮ ਚੀਜ਼ ਇਹ ਹੈ ਕਿ ਕੈਲੀਫੋਰਨੀਆ ਦੀ ਜਿਹੜੀ ਇਲੈਕਸ਼ਨ ਹੈ ਇਹਦੇ ਵਿੱਚ 2 ਰੀਕਾਲ ਵੀ ਹੈਗੀਆਂ ਸੀ ਬੈਲਟ ਦੇ ਉੱਪਰ ਜੀ, ਜਿਹੜੇ ਈਸਟ ਬੇ ਦੇ ਵਿੱਚ ਫ੍ਰੀਮੌਂਟ, ਨਿਊਯਾਰਕ, ਯੂਨੀਅਨ ਸਿਟੀ ਏਰੀਆ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ ਇਹ ਪਤਾ ਹੋਊਗਾ ਕਿ ਜਿਹੜੀ ਇੱਕ ਪਰਸੈਪਸ਼ਨ ਆ ਕਿ ਇਸ ਏਰੀਆ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ, ਖਾਸ ਤੌਰ ਤੇ ਓਕਲੈਂਡ ਏਰੀਆ ਦੇ ਵਿੱਚ, ਉਹਦੇ ਵਿੱਚ 2 ਰੀਕਾਲ ਹੈਗੀਆਂ ਸੀ ਬੈਲਟ ਦੇ ਉੱਪਰ। ਪਹਿਲੀ ਰੀਕਾਲ ਸੀ ਓਕਲੈਂਡ ਦੇ ਮੇਅਰ ਸ਼ੈਂਗ ਥਾਓ ਦੀ ਤੇ ਦੂਸਰੀ ਰੀਕਾਲ ਸੀ ਐਲਾਮੀਡਾ ਕਾਉਂਟੀ ਦੀ ਪ੍ਰਾਈਸ ਦੀ ਜੀ, ਹੈ ਨਾ। ਤਾਂ ਉਹਨਾਂ ਦੋਹਾਂ ਦੀ ਜਿਹੜੀ ਰੀਕਾਲ ਆ ਉਹ ਉੱਪਰ ਜਾ ਰਹੀ, ਦੋਹਾਂ ਨੂੰ ਤਕਰੀਬਨ 64-65% ਦੇ ਤਕਰੀਬਨ ਸਪੋਰਟ ਜਿਹੜੀ ਆ ਉਹਦੇ ਤੇ ਮਿਲ ਰਹੀ ਆ। ਸੋ ਭਾਵੇਂ ਕਿ ਜਿਹੜੀ ਗਿਣਤੀ ਹੈ 26-27% ਇਹਨਾਂ ਉੱਪਰ ਚੱਲ ਰਹੀ ਆ, ਪਰ ਮੈਜੋਰਿਟੀ ਜਿਹੜੇ ਲੋਕ ਆ ਉਹਨਾਂ ਦੋਹਾਂ ਦੀ ਰੀਕਾਲ ਚਾਹੁੰਦੇ ਆ। ਜੀ ਹਰਜੋਤ ਸਿੰਘ ਜੀ ਤੇ ਆਪਣੇ ਹਰਵਿੰਦਰ ਸਿੰਘ ਕੰਗ ਸਾਹਿਬ ਆਪਣੇ ਨਾਲ ਇੱਕ ਕਾਲਰ, ਹੋਰ ਕਾਫੀ ਕਾਲਰ ਜੁੜੇ ਨੇ, ਰਣਵੀਰ ਸਿੰਘ ਜੀ, ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਰਣਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਧੰਨਵਾਦ, ਥੈਂਕ ਯੂ। ਤੇ ਉਹਦੇ ਕਹਿਣੋ ਆਪਣੇ ਵੱਲੋਂ ਬਾਬੇ ਜੋਨੀ ਦੇ ਕਹਿਣ ਜਿੱਥੇ ਕੋਈ ਆਪਾਂ ਤਾਂ ਨਜ਼ਾਰੇ ਲੈਣੇ ਆ, ਕਿਉਂਕਿ ਅਸੀਂ ਤਾਂ ਕੈਨੇਡਾ 'ਚ ਰਹਿੰਦੇ ਆ, ਸਨੋ ਪੈ ਰਹੀ ਹੈ ਇੱਥੇ, ਤੇ ਅੱਗੇ ਵੀ ਪ੍ਰੋਗਰਾਮ ਤੁਹਾਡਾ ਸੁਣੀ ਰਹੀ ਹੈ, ਅੱਜ ਵੀ ਚਲੋ ਅੱਜ ਤਾਂ ਬਹੁਤ ਵਧੀਆ ਜਾਂਦੀ, ਨਜ਼ਾਰੇ ਵੱਜੀ ਜਾਂਦੇ ਆ। ਥੈਂਕ ਯੂ ਜੀ। ਤੇ ਬਾਕੀ ਤਾਂ ਚਲੋ ਮਾਲਕ ਨੇ ਜਿਹਨੂੰ ਦੇਣੀ ਆ ਡਿਊਟੀ ਦੇ ਹੀ ਦੇਣੀ ਹੈ ਨਾ ਜੀ। ਹਾਂਜੀ, ਲੋਕਾਂ ਨੇ ਅਸਲ 'ਚ ਲੈ ਕੇ ਜਾਣਾ ਵਾਈਟ ਹਾਊਸ 'ਚ। ਹਾਂਜੀ ਹਾਂਜੀ, ਦੇਖੋ ਜਿਹੜੇ ਕੈਨੇਡਾ ਵਾਲੇ ਆ ਨਾ, ਉਹਨਾਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਇਲੈਕਸ਼ਨ ਹੈ ਯੂਐਸ ਦੀ। ਜੀ, ਉਹਦੇ ਆਫਿਸ ਨੂੰ ਪੁੱਛ ਕੇ ਦੇਖਿਓ ਵੀ ਕਿੰਨੇ ਉਹ ਫਿਕਰਮੰਦ ਆ, ਕਿਉਂਕਿ ਟਰੰਪ ਉਹਨਾਂ ਦੀ ਜਿਹੜੀ ਆ ਉਹਨਾਂ ਦੇ ਨਾਲ ਬਣਦੀ ਨਹੀਂ ਹੈਗੀ। ਕਮਲਾ ਹੈਰਿਸ ਕਹਿੰਦੀ ਆ ਵੀ ਜਿਹੜਾ ਨਾਪਟਾ ਵਾਲਾ ਜਿਹੜਾ ਸੀਗਾ ਉਹ ਉਸ ਨੂੰ ਜਿਹੜਾ ਆ ਚੇਂਜ ਕਰਨਾ ਹੈਗਾ। ਸੋ ਬਹੁਤ ਕੁਛ ਕੈਨੇਡਾ ਦੀ ਜਿਹੜੀ ਇਕਨੋਮੀ ਆ ਉਹ ਯੂਐਸਏ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡੈਂਟ ਹੈਗੀ ਆ। ਟਰੰਪ ਹੁਣੀ ਕਹਿੰਦੇ ਆਪਾਂ ਟੈਰਿਫ ਲਾਵਾਂਗੇ, ਜ਼ਿਆਦਾ ਟੈਕਸ ਵਧਾਵਾਂਗੇ। ਸੋ ਉਹ ਦੇਖਦੇ ਆ ਹੁਣ ਕਿਹੜਾ ਕੈਂਡੀਡੇਟ ਜਿੱਤਦਾ ਤੇ ਕੈਨੇਡਾ ਲਈ ਕਿਹੜਾ ਫਿੱਟ ਬੈਠੂਗਾ। ਆਪਣੇ ਗੁਆਂਢੀ ਆ, ਅਸੀਂ ਤਾਂ ਗੁਆਂਢੀਆਂ ਨੂੰ ਚਾਹੁੰਦੇ ਆ ਵੀ ਬਿਲਕੁਲ ਜੱਫੀ ਪਾ ਕੇ ਸਾਡੇ ਨਾਲ ਹੀ ਚੱਲਣ। ਬਿਲਕੁਲ ਨਹੀਂ ਦੇਖੋ, ਜੇ ਗੁਆਂਢ ਸੌਖਾ ਤੇ ਤੁਸੀਂ ਆਪ ਸੌਖੇ ਆ। ਸਿਆਣਾ ਬੰਦਾ ਤਾਂ ਹਮੇਸ਼ਾ ਗੁਆਂਢ ਦੀ ਖੈਰ ਮੰਗਦਾ, ਸਾਰੀ ਦੁਨੀਆ ਦੀ ਖੈਰ ਮੰਗਦਾ। ਖੈਰ ਆਪਾਂ ਪਰ ਦੂਸਰੇ ਪਾਸੇ ਮੈਕਸੀਕੋ ਦਾ ਵੀ ਗੁਆਂਢ ਆ। ਮੈਂ ਉੱਥੇ ਦੇਖ ਰਿਹਾ ਸੀ ਹੁਣ ਇੱਕ ਪੱਤਰਕਾਰ ABC ਨਿਊਜ਼ ਦਾ ਪਹੁੰਚਿਆ, ਬਾਰਡਰ ਤੇ ਲਾਈਨਾਂ ਲੱਗੀਆਂ ਆ। ਉਹ ਕਹਿੰਦੇ ਵੀ ਦਬ ਟੱਪ ਲਓ ਬਾਰਡਰ ਤੇ, ਪਤਾ ਨਹੀਂ ਵੀ ਜੇ ਕੱਲ ਨੂੰ ਟਰੰਪ ਆ ਗਿਆ ਤਾਂ ਫੇਰ ਕਰੇ ਇਹ ਸਾਰਾ ਬੰਦ ਹੋ ਜਾਣਾ ਹੈਗਾ। ਸੋ ਬੜੇ ਲੋਕ ਉੱਥੇ ਜਿਹੜੇ ਕ੍ਰਾਸ ਕਰਕੇ ਆ ਰਹੇ ਆ ਉਹ ਬੜੇ ਫਿਕਰਮੰਦ ਹੈਗੇ ਆ ਵੀ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਇਮੀਗ੍ਰੇਸ਼ਨ ਕਿੱਦਾਂ ਦੀ ਮਿਲੂਗੀ ਜਾਂ ਨਹੀਂ ਮਿਲੂਗੀ। ਜੀ ਬਿਲਕੁਲ। ਦੇਖੋ, ਇਹ ਤਾਂ ਉਹਨਾਂ ਨੇ ਆਉਣ ਸਾਰੀ ਉਹਨਾਂ ਦੀਆਂ ਸਪੀਚਸ ਦੇ ਵਿੱਚ ਇਸ ਗੱਲ ਦਾ ਬਹੁਤ ਜ਼ਿਕਰ ਸੀਗਾ। ਔਰ ਜਿਹੜਾ ਡੈਮੋਕ੍ਰੇਟਸ ਦਾ ਜਿਹੜਾ ਥਿੰਕ ਟੈਂਕ ਕਹਿ ਲਓ ਜਾਂ ਉਹਨਾਂ ਦੇ ਜਿਹੜੇ ਸਮਰਥਕ ਆ, ਉਹ ਵੀ ਇਸ ਗੱਲ ਨੂੰ ਅੰਦਰ ਖਾਤੇ ਦਾ ਮਹਿਸੂਸ ਕਰਦੇ ਸੀਗੇ ਵੀ ਇਮੀਗ੍ਰੇਸ਼ਨ ਇੱਕ ਬਹੁਤ ਵੱਡਾ ਮੁੱਦਾ ਹੈ ਇਹਨਾਂ ਵੋਟਾਂ ਦੇ ਵਿੱਚ। ਸੋ ਇਹ ਵਾਕਈ ਜਿਹੜਾ ABC ਵਾਲਾ ਪੱਤਰਕਾਰ ਆ, ਮੇਰੇ ਖਿਆਲ 'ਚ ਬਹੁਤ ਕ੍ਰੀਏਟਿਵ ਕੰਮ ਆਉਂਦਾ ਵੀ ਇਸ ਟਾਈਮ ਉਹ ਪਹੁੰਚ ਗਿਆ ਉੱਥੇ। ਤੇ ਹਾਲਾਤ ਉੱਥੇ ਆਪਾਂ ਹਮੇਸ਼ਾ ਹੀ, ਹਰਜੋਤ ਸਿੰਘ ਖਾਲਸਾ ਜੀ, ਤੁਸੀਂ ਦੱਸਦੇ ਰਹੇ ਆ ਹਰ ਰੋਜ਼ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ। ਔਰ ਇਸੇ ਕਰਕੇ ਆਪਾਂ ਪੰਜਾਬੀ ਰੇਡੀਓ USA ਦੇ ਜਿਹੜੇ ਸਰੋਤੇ ਆ ਉਹਨਾਂ ਨੂੰ ਵੀ ਇਹ ਗੁਜ਼ਾਰਿਸ਼ ਕਰਦੇ ਹਾਂ ਵੀ ਤੁਸੀਂ ਜਿੱਥੇ ਜਿਸ ਮੀਡੀਆ ਤੇ ਐਕੂਰੇਟ ਜਾਣਕਾਰੀ ਤੁਹਾਨੂੰ ਮਿਲਦੀ ਹੈ, ਹੁਣ ਹਰ ਕੋਈ ਇੱਥੇ ਆ ਕੇ ਆਪਾਂ ਨੂੰ ਕੰਮ ਦੀ ਸ਼ਲਾਘਾ ਕਰਦਾ। ਸਾਡੀ ਇੱਕੋ ਹੀ ਬੇਨਤੀ ਰਹਿੰਦੀ ਹੈ ਵੀ ਅਸੀਂ ਸਹਿਯੋਗ ਸਾਡਾ ਜ਼ਰੂਰ ਕਰੋ, ਸਬਸਕ੍ਰਾਈਬ ਕਰੋ, ਮੌਕਾ ਹੁੰਦਾ ਤੁਹਾਡੇ ਕੋਲੇ ਸ਼ੇਅਰ ਜ਼ਰੂਰ ਕਰਿਆ ਕਰੋ। ਪੰਜਾਬੀ ਰੇਡੀਓ USA ਦਾ YouTube ਚੈਨਲ ਆ, ਇਹਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਓ। ਕਮੈਂਟਸ ਦੇ ਵਿੱਚ ਵੀ ਤੁਸੀਂ ਆਪਣੀ ਲਗਾਤਾਰ ਰਾਏ ਪ੍ਰਗਟ ਕਰ ਰਹੇ ਆ ਔਰ ਉਹ ਵੀ ਸਾਨੂੰ ਬਹੁਤ ਚੰਗੀ ਚੀਜ਼ ਆ। ਸ਼ੇਅਰ ਜ਼ਰੂਰ ਕਰੋ। ਔਰ ਕੈਨੇਡਾ 'ਚ ਲੋਕ ਔਰ ਯੂਬਾ ਸਿਟੀ ਨਗਰ ਕੀਰਤਨ ਤੇ ਪੰਜਾਬੀ ਰੇਡੀਓ USA ਦੇ ਸਰੋਤੇ ਯੂਰਪ ਦੇ ਵੱਖ-ਵੱਖ ਹਿੱਸਿਆਂ ਤੋਂ, ਹੋਰ ਹਿੱਸਿਆਂ ਤੋਂ ਪਹੁੰਚੇ ਆ। ਧੰਨਵਾਦ ਆ ਦਿਲ ਤੋਂ ਤੁਹਾਡਾ। ਬਹੁਤ ਸਾਰੇ ਕਮੈਂਟਸ ਹਰਜੋਤ ਸਿੰਘ ਖਾਲਸਾ ਜੀ ਆਪਾਂ ਨੂੰ ਕੰਗ ਸਾਹਿਬ ਆਪਾਂ ਨੂੰ ਮਿਲ ਰਹੇ ਨੇ ਸੋਸ਼ਲ ਮੀਡੀਆ ਉੱਤੇ। ਟੋਰਾਂਟੋ ਕੈਨੇਡਾ ਤੋਂ ਆ ਰਹੇ ਲੌਜਿਸਟਿਕ ਵਾਲੇ ਸੁਣ ਰਹੇ ਨੇ ਤੇ ਪ੍ਰੈਜ਼ੀਡੈਂਟ ਟਰੰਪ ਨੂੰ ਕਾਫੀ, ਮੇਰਾ ਖਿਆਲ ਆਪਣੇ ਜਿਹੜੇ ਸਰੋਤੇ ਨੇ ਉਹ ਕਹਿ ਰਹੇ ਨੇ ਕਿ ਆ ਰਹੇ ਨੇ ਲਗਾਤਾਰ। ਪਰਮ ਫਤਿਹਰੀਤ ਸੇਖੋਂ ਹੋਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਨੇ। ਇਸੇ ਤਰ੍ਹਾਂ ਕਾਲਰ ਦੇ ਬਾਅਦ ਆਪਾਂ ਚਲੇ ਗਏ ਤੇ ਹਰਪਾਲ ਸਿੰਘ ਜੀ ਆਪਣੇ ਨਾਲ ਜੁੜੇ ਨੇ। ਹਰਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤਿੰਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।
ਪਹਿਲੇ ਤੇ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਹੈ ਪਹਿਲੇ ਹਰਜੋਤ ਭਾਜੀ, ਪਹਿਲੇ ਆਪਾਂ ਦੇਖਦੇ ਹੁੰਦੇ ਸੀ ਫੌਕਸ ਚੈਨਲ ਜਾਂ ਨਿਊਜ਼ ਦੇ ਹੋਰ ਅਮਰੀਕਨ ਮੀਡੀਆ ਚੈਨਲ ਦੇਖਦੇ CNN ਜਾਂ ਹੁਣ CNN ਤੇ ਹੁਣ ਸਾਡਾ ਇੰਟਰਸਟ ਪੰਜਾਬੀ ਰੇਡੀਓ ਵਿੱਚ ਬਣਿਆ। ਆਪਣੇ ਬੰਦਿਆਂ ਦਾ ਪ੍ਰੋਗਰਾਮ, ਆਪਣੀਆਂ ਗੱਲਾਂ ਬਾਤਾਂ ਸੁਣੀ ਦੀਆਂ ਸਾਰਿਆਂ ਦੀਆਂ। ਥੈਂਕ ਯੂ ਜੀ, ਧੰਨਵਾਦ। ਜਾਂ ਆਪਣੇ ਬੰਦਿਆਂ ਦੀਆਂ ਸਾਰਿਆਂ ਦੀਆਂ ਗੱਲਾਂ ਬਾਤਾਂ ਸੁਣਿਆ ਔਰ ਆਪਣੇ ਬੰਦਿਆਂ ਦੇ ਵਿਚਾਰ ਕਿੱਦਾਂ ਦੇ ਆ, ਸਾਰਿਆਂ ਦੇ ਕਿੰਨਾ ਇੰਟਰਸਟ ਰਹਿ ਰਿਹਾ ਪੋਲਿਟਿਕਸ ਦੇ ਵਿੱਚ। ਵੈਰੀ ਗੁੱਡ, ਬਹੁਤ ਸੋਹਣਾ, ਬਹੁਤ ਚੰਗਾ ਲੱਗਦਾ ਪਿਆ। ਤੇ ਇੱਕ ਹਰਜੋਤ ਭਾਜੀ ਹੋਰ ਗੱਲ ਦੱਸਦੀ, ਹੁਣੇ ਮੈਂ ਨਿਊਜ਼ ਦੇਖ ਰਿਹਾ ਸੀਗਾ ਵੀ ਜਿਹੜਾ ਪ੍ਰੋਪੋਜੀਸ਼ਨ 36 ਆ ਉਹ ਆਲਰੇਡੀ ਪਾਸ ਹੋ ਗਿਆ ਹਨਾ, ਵੋਟਰਸ ਨੇ ਉਹਨੂੰ। ਹਾਂਜੀ, ਉਹ ਮੈਜੋਰਟੀ ਚ ਹਜੇ ਇੰਨੀ ਜ਼ਿਆਦਾ ਕਾਊਂਟ ਨਹੀਂ ਹੋਈਆਂ ਕੈਲੀਫੋਰਨੀਆ ਚ, ਪਰ ਉਹ 70% ਦੇ ਕਰੀਬ ਉਹਦੇ ਹੱਕ ਚ ਵੋਟਾਂ ਪੈ ਰਹੀਆਂ ਜਿੰਨੇ ਕ ਕਾਊਂਟ ਹੋਈਆਂ ਹੈਗੀਆਂ। ਹੁਣ ਪਾਸ ਹੋ ਜਾਣਾ ਪ੍ਰੋਪੋਜੀਸ਼ਨ 36 ਜੀ ਜੀ। ਮੈਂ ਰਾਈਟ ਨੋ ਜਸਟ 2 ਮਿੰਟਸ ਅਗੋ ਚੈੱਕ ਕਰ ਰਿਹਾ ਸੀਗਾ ਤੇ ਉਹ 36 ਬਹੁਤ ਵਧੀਆ ਸਾਰਿਆਂ ਜਣਿਆਂ ਨੇ ਜਿਨ੍ਹਾਂ ਨੇ ਵੋਟਸ ਪਾਈਆਂ, ਬੜਾ ਵੱਡਾ ਉਪਰਾਲਾ ਕੀਤਾ ਸਾਰਿਆਂ ਨੇ ਰਲ ਕੇ ਵੀ ਇਹ ਜਿਹੜਾ ਪ੍ਰੋਪੋਜੀਸ਼ਨ 36 ਨੂੰ ਵੋਟ ਪਾ ਕੇ ਇਹਨੂੰ ਕੀਤਾ ਜੀ ਇਹਨਾਂ ਨੇ। ਥੈਂਕ ਯੂ ਜੀ, ਥੈਂਕ ਯੂ ਹਰਪਾਲ ਜੀ, ਧੰਨਵਾਦ ਜੀ। ਬਹੁਤ ਜੀ, ਬਹੁਤ ਵਧੀਆ ਚੱਲ ਰਿਹਾ ਜੀ ਜੀ। ਥੈਂਕ ਯੂ ਜੀ। ਸੁਖੀ ਜੀ, ਸਤਿ ਸ਼੍ਰੀ ਅਕਾਲ। ਸੁਖੀ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ, ਚੜ੍ਹਦੀ ਕਲਾ ਜੀ। ਚਲੋ ਚੜ੍ਹਦੀ ਕਲਾ ਚਾਹੀਦੀ ਹੈ। ਤਿੰਨੇ ਭਰਾਵਾਂ ਦੀ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈਗੀ ਹੈ ਤੇ ਆਪਣੇ ਵੀ ਕੋਈ ਚੈਨਲ ਹੈਗਾ ਜਿਹੜੇ ਕਿ ਆਪਣੇ ਸਾਰੀ ਡਾਇਸਪੋਰਾ ਨੂੰ ਕੋਈ ਚੰਗਾ ਮੈਸੇਜ ਦੇ ਰਿਹਾ ਹੈਗਾ ਜੀ। ਥੈਂਕ ਯੂ ਜੀ। ਤੇ ਤੁਸੀਂ ਤਿੰਨੇ ਭਰਾ ਹੈਗੇ ਨੇ, ਜਿਹੜੀ ਬੜੀ ਤੁਹਾਡੀ ਜਿਹੜੀ ਹੈਗੀ ਹੈ, ਮੈਂ ਇਸ ਚੀਜ਼ ਦੀ ਮੈਂ ਤੁਹਾਨੂੰ ਵਧਾਈ ਦਿੰਦਾ ਹੈਗਾ ਵੀ ਤੁਸੀਂ ਜੋ ਵੀ ਗੱਲ ਕਰ ਰਹੇ ਹੈਗੇ ਨਾ, ਤੁਸੀਂ ਬਿਲਕੁਲ ਟਰਾਂਸਪੇਰੈਂਟ ਕਰ ਰਹੇ ਹੈਗੇ ਹੋ, ਚਾਹੇ ਕੁਝ ਬੰਦਿਆਂ ਨੂੰ ਅੱਛੀ ਲੱਗੇ ਜਾਂ ਬੁਰੀ ਲੱਗੇ ਹੈਗੇ। ਮੈਂ 350 ਚੈਨਲ ਮੇਰੇ ਹੈਗੇ ਨੇ ਘਰੇ, ਜਿਹੜਾ ਮੈਂ ਉਹਨਾਂ ਨੂੰ ਨਹੀਂ ਦੇਖ ਰਿਹਾ, ਮੈਂ ਤੁਹਾਡੇ ਚੈਨਲ ਨੂੰ ਇਸੇ ਕਰਕੇ ਦੇਖ ਰਿਹਾ ਹੈਗਾ। ਤੁਸੀਂ ਜੋ ਅੱਜ ਤੱਕ ਸਿੱਖਾਂ ਦੀ ਗੱਲ ਕਰੀ ਹੈਗੀ ਹੈ ਨਾ, ਸਿੱਖੀ ਦੀ ਗੱਲ ਕਰੀ ਹੈਗੀ ਹੈ ਜੀ, ਉਹਦੀ ਕੋਈ ਮਿਆਰ ਨਹੀਂ ਹੈਗੀ ਜੀ। ਔਰ ਇਸ ਕਰਕੇ ਜੋ ਹਰਜੋਤ ਸਿੰਘ ਖਾਲਸਾ ਭਾਜੀ ਹੈਗੇ ਨੇ, ਜਿਨ੍ਹਾਂ ਦੇ ਬਾਰੇ ਬਹੁਤ ਲੋਕੀ ਕਹਿੰਦੇ ਹੈਗੇ ਨੇ ਵੀ ਹਾਂ ਜੀ ਐ ਜੀ ਵਾਹ ਜੀ ਫਲਾਨਾ, ਕਿੰਤੂ ਪਰੰਤੂ ਕਰਨਾ ਬਹੁਤ ਸੌਖਾ ਹੁੰਦਾ ਹੈਗਾ, ਪਰ ਸੱਚੀ ਗੱਲ ਕਹਿਣੀ ਬਹੁਤ ਔਖੀ ਹੁੰਦੀ ਹੈਗੀ ਹੈ। ਇਹਨਾਂ ਨੇ ਤੁਸੀਂ ਤੁਹਾਡਾ ਜਿਹੜਾ ਜਾਂ ਆਪਣੇ ਪੰਜਾਬੀ ਰੇਡੀਓ USA ਨੇ ਜੋ ਅੱਜ ਤੱਕ ਜੋ ਦੁਨੀਆ ਭਰ ਦੇ ਵਿੱਚ ਲੋਕੀ ਦੇਖ ਰਹੇ ਹੈਗੇ ਨੇ ਨਾ, ਇਹ ਇੱਕ ਬਹੁਤ ਵੱਡਾ ਆਪਾਂ ਨੂੰ ਮਾਣ ਹੋਣਾ ਚਾਹੀਦਾ ਹੈਗਾ। ਨਾ ਕਿ ਆਪਾਂ ਇਹ ਸੁਣੀਏ ਹੈਗੇ ਵੀ ਆਪਾਂ ਉੱਥੋਂ ਕੋਈ ਇੰਡੀਆ ਦਾ ਕੋਈ ਚੈਨਲ ਦੇਖੀਏ ਜਾਂ ਕੋਈ ਅਮਰੀਕਾ ਦਾ ਚੈਨਲ ਦੇਖੀਏ, ਅਸੀਂ ਆਪਣੀ ਭਾਸ਼ਾ ਦੇ ਵਿੱਚ ਆਪਣਾ ਚੈਨਲ ਦੇਖ ਰਹੇ ਹੈਗੇ ਹਾਂ। ਇਹਦੀ ਸਾਰੇ ਤਿੰਨੇ ਭਰਾਵਾਂ ਨੂੰ ਵਧਾਈ ਹੈਗੀ ਹੈ। ਇਹ ਵਧਾਈ ਇਸ ਚੀਜ਼ ਦੀ ਹੈਗੀ ਹੈ, ਤੁਸੀਂ ਸੱਚ ਬੋਲਦੇ ਹੈਗੇ ਹੋ, ਸੱਚ ਬੋਲੋਗੇ ਤੇ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਟੈਸਟ ਵੀ ਉਹ ਸਹਿਣਾ ਪਊਗਾ ਹੈਗਾ। ਕੁਛ ਲੋਕੀ ਹੁੰਦੇ ਹੈਗੇ ਨੇ, ਅੱਜ ਕੱਲ੍ਹ 2-4 ਬੰਦੇ ਹੁੰਦੇ ਹੈਗੇ ਨੇ ਕਮਿਊਨਿਟੀ ਦੇ ਵਿੱਚ, ਤੁਹਾਡਾ ਵੀ ਪ੍ਰੋਟੈਸਟ ਕਰਦੇ ਹੈਗੇ ਨੇ, ਤੁਹਾਡੇ ਖਿਲਾਫ ਵੀ ਬਹੁਤ ਬੋਲਦੇ ਹੈਗੇ ਨੇ ਜੀ। ਪਰ ਮੈਂ ਇਹ ਕਹਿਣਾ ਹੈਗਾ, ਦੇਖੋ ਥੈਂਕ ਯੂ ਸੁਖੀ, ਥੈਂਕ ਯੂ। ਇੱਕ ਮਿੰਟ ਬਾਈ ਜੀ ਜੀ। ਜੇ ਕੱਲ ਨੂੰ ਟਰੰਪ ਆਉਂਦਾ ਹੈਗਾ ਜੀ ਜੀ, ਮੇਰੀ ਹਮੇਸ਼ਾ ਇਹ ਰਹੂਗੀ ਹੈਗੀ ਵੀ ਜਸ ਪੰਜਾਬੀ ਇੰਡੀਆ ਦੇ ਵਿੱਚ ਵੀ ਸੁਣਨਾ ਚਾਹੀਦਾ ਹੈਗਾ ਜੀ। ਇਹਦੇ ਵਿੱਚ ਕੀ ਹੁੰਦਾ ਹੈਗਾ, ਦੇਖੋ ਤੁਸੀਂ ਸੱਚ ਬੋਲਦੇ ਹੈਗੇ ਹੋ, ਜਦੋਂ ਤੁਸੀਂ ਸੱਚ ਬੋਲਦੇ ਹੈਗੇ ਹੋ ਬਹੁਤ ਲੋਕਾਂ ਨੂੰ ਕੌੜਾ ਲੱਗਦਾ ਹੈਗਾ। ਜੇ ਤੁਸੀਂ ਇੱਕ ਧਿਰ ਦੀ ਆਵਾਜ਼ ਲੈ ਕੇ ਨਹੀਂ, ਦੇਖੋ ਬਿਲਕੁਲ ਜੀ, ਦੇਖੋ ਜਦੋਂ ਮੀਡੀਆ ਦਾ ਕੰਮ ਇਹ ਹੈ ਜੀ, ਮੀਡੀਆ ਦੀ ਹਮੇਸ਼ਾ ਜਦੋਂ ਆਪਾਂ ਸਹੀ ਗੱਲ ਕਰਦੇ ਹਾਂ ਤੇ ਉਹਦੇ ਨਾਲ ਕੁਛ ਧੜੇ ਹੁੰਦੇ ਨੇ ਜਿਨ੍ਹਾਂ ਨੂੰ ਉਹ ਗੱਲ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਸਹੀ ਨਹੀਂ ਰਹਿੰਦੀ। ਪਰ ਆਪਾਂ ਫਿਲਹਾਲ ਜਿਹੜਾ ਕੰਸਟਰੇਟ ਆਪਣੀ ਜਿਹੜੀ ਗੱਲਬਾਤ ਆ ਉਹ US ਪ੍ਰੈਜ਼ੀਡੈਂਟ ਇਲੈਕਸ਼ਨ ਦੇ ਰਿਜ਼ਲਟਸ ਦੇ ਉੱਤੇ ਕੰਸਟਰੇਟ ਕਰੀਏ, ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਨਿਗਾਹਾਂ ਨੇ, ਬਹੁਤ ਸਾਰੇ ਲੋਕ ਸੁਣ ਰਹੇ ਨੇ, ਉਹਨਾਂ ਦੀਆਂ ਉਮੀਦਾਂ ਨੇ ਅਪਡੇਟਸ ਨੂੰ ਲੈ ਕੇ ਲਗਾਤਾਰ। ਹਰਜੋਤ ਸਿੰਘ ਜੀ, ਇੱਕ ਵਾਰ ਫਿਰ ਤੋਂ ਅਪਡੇਟਸ ਦੇ ਵੱਲ ਚਲੇ ਗਏ ਜੀ। ਹਰਵਿੰਦਰ ਕੰਗ ਜੀ, ਤੇ ਕੀ ਇਸ ਟਾਈਮ ਅਪਡੇਟਸ ਜਿਹੜੀਆਂ ਨੇ ਵੱਖ-ਵੱਖ ਰਾਜਾਂ ਤੋਂ ਆ ਰਹੀਆਂ ਨੇ ਜੀ? ਪ੍ਰੈਜ਼ੀਡੈਂਸ਼ੀਅਲ ਦੇ ਆਪਾਂ ਦੀ ਇਲੈਕਸ਼ਨ ਦੀ ਗੱਲ ਕਰੀਏ ਤੇ 210 ਦੇ ਉੱਤੇ ਕਮਲਾ ਹੈਰਿਸ ਆ ਜੀ ਜੀ, ਤੇ ਫਾਰਮਰ ਪ੍ਰੈਜ਼ੀਡੈਂਟ ਟਰੰਪ ਜਿਹੜੇ 230 ਦੇ ਉੱਪਰ ਆ। ਆਪਾਂ ਸੈਨੇਟ ਦੇ ਵਿੱਚ ਦੁਬਾਰਾ ਗੱਲ ਕਰਦੇ ਆ ਤੇ ਪਿਛਲੀ ਅਪਡੇਟ ਸੀ ਕਿ 50 ਸੀਟਾਂ ਰਿਪਬਲਿਕਨ ਪਾਰਟੀ ਕੋਲ ਆ, ਪਰ ਹੁਣ ਉਹਨਾਂ 51 ਸੀਟਾਂ ਜਿਹੜੀਆਂ, ਯਾਨੀ ਕਿ ਵੈਰੀ ਕੰਫਰਟੇਬਲ ਮੈਜੋਰਿਟੀ ਜਿਹੜੀ ਉਹਨਾਂ ਸੈਨੇਟ ਦੀ ਲੈ ਲਈ ਆ। ਸੋ ਜਿਹੜੀ ਇਹਦੇ ਨਾਲ ਇਹ ਹੈ ਕਿ ਇੱਕ ਜਿਹੜਾ ਰਾਹ ਹੋਰ, ਆਪਾਂ ਆਮ ਤੌਰ ਤੇ ਅਮਰੀਕਨ ਪੋਲਿਟਿਕਸ ਦੀ ਗੱਲ ਕਰਦੇ ਤੇ 3 ਹਾਊਸਿਸ ਦੀ ਗੱਲ ਕਰਦੇ ਆ, 3 ਪਾਵਰ ਸੈਂਟਰਸ ਦੀ ਗੱਲ ਕਰਦੇ ਆ। ਇੱਕ ਉਹਨਾਂ ਚੋਂ ਹਾਊਸ ਹੋ ਗਿਆ, ਇੱਕ ਸੈਨੇਟ ਤੇ ਇੱਕ ਪ੍ਰੈਜ਼ੀਡੈਂਟ। ਤੇ ਜਿਹੜੇ ਹੁਣ ਤੱਕ ਦੇ ਆਪਾਂ ਰਿਜ਼ਲਟ ਇਹ ਆ ਕਿ ਜਿਹੜੀ ਸੈਨੇਟ ਆ ਉਹ ਤਾਂ ਰਿਪਬਲਿਕਨ ਪਾਰਟੀ ਕੋਲ ਚਲੀ ਜਾਂਦੀ ਆ। ਜਿਹਦੇ ਵਿੱਚ 2 ਸੀਟਾਂ ਜਿਹੜੀਆਂ ਫਲਿਪ ਹੁੰਦੀਆਂ, ਜਿਹਦੇ ਵਿੱਚ ਡੈਮੋਕ੍ਰੇਟ ਪਾਰਟੀ ਉਹਨਾਂ ਨੂੰ ਲੂਜ਼ ਕਰਦੀ ਆ ਤੇ ਜਿਹੜੀ ਆ GOP ਰਿਪਬਲਿਕਨ ਪਾਰਟੀ ਆ ਉਹਨਾਂ ਨੂੰ ਗੇਨ ਕਰਕੇ 51 ਦੇ ਨੰਬਰ ਉੱਪਰ ਆ ਜਾਂਦੀ ਆ। ਜੀ ਜੀ। ਸੋ ਬਿਲਕੁਲ ਹਾਊਸ ਦੇ ਵਿੱਚ ਵੀ ਜਿਹੜੇ 179
ਜੋ ਰਿਪਬਲਿਕਨ ਇਸ ਵੇਲੇ ਕਾਂਗਰਸ ਮੈਨ ਜਾਂ ਕਾਂਗਰਸ ਵੂਮਨ ਹੈਗੀਆਂ, ਤੇ 148 ਜਿਹੜੇ ਆ ਡੈਮੋਕ੍ਰੇਟਸ ਆ। ਫਸਵੀਂ ਟੱਕਰ ਉਹੀ ਕੀ ਰੇਸਸ ਜਿਹੜੀਆਂ ਜਾਰਜੀਆ, ਪੈਂਸਿਲਵੇਨੀਆ, ਮਿਸ਼ੀਗਨ, ਵਿਸਕੌਨਸਨ, ਐਰੀਜ਼ੋਨਾ, ਬਹੁਤ ਹੀ ਜ਼ਿਆਦਾ ਜਿਹੜੀ ਫਸਵੀਂ ਟੱਕਰ ਆ। ਜੇ ਐਰੀਜ਼ੋਨਾ ਦੀ ਮੈਂ ਦੱਸਦਾ ਜਾਵਾਂ, 11 ਇਲੈਕਟੋਰਲ ਵੋਟਸ ਹੈਗੀਆਂ ਆ, 51% ਕਾਊਂਟ ਹੋਈਆਂ, ਤੇ ਵੋਟਾਂ ਦਾ ਫਰਕ ਸਿਰਫ 13,000 ਵੋਟਾਂ ਦਾ ਫਰਕ ਆ। ਡੋਨਲਡ ਟਰੰਪ ਉਹਨਾਂ ਕੋਲ 9,23,662 ਤੇ ਕਮਲਾ ਹੈਰਿਸ ਕੋ 9,10,297 ਹੈਗੀਆਂ ਜੀ। ਵਿਸਕੌਨਸਨ ਸਟੇਟ ਜਿਹੜੀ ਆ, ਇੱਕ ਵਾਰੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿੱਤ ਲਈ ਸੀ, ਪਿਛਲੀ ਵਾਰੀ ਬਾਈਡਨ ਹੁਣੀ ਜਿੱਤ ਗਏ ਸੀ। ਉੱਥੇ 10 ਇਲੈਕਟੋਰਲ ਵੋਟਸ ਆ, 81% ਕਾਊਂਟ ਹੋ ਚੁੱਕੀਆਂ। ਉੱਥੇ ਵੀ ਜਿਹੜਾ ਫਰਕ ਆ ਉਹ 80-90,000 ਵੋਟ ਦਾ ਹੀ ਹੈਗਾ। ਡੋਨਲਡ ਟਰੰਪ ਉਹਨਾਂ ਕੋ 13,91,459, ਕਮਲਾ ਹੈਰਿਸ ਕੋ 12,85,406 ਹੈਗੀਆਂ। ਜੀ ਹਰਵਿੰਦਰ ਜੀ। ਤੇ ਮਿਸ਼ੀਗਨ ਦੀ ਜੇ ਮੈਂ ਦੱਸਦਾ ਜਾਵਾਂ, ਮਿਸ਼ੀਗਨ ਦੇ ਵਿੱਚ ਜੇ 15 ਇਲੈਕਟੋਰਲ ਵੋਟਸ ਹੈਗੇ ਆ, 53% ਹੀ ਹਜੇ ਕਾਊਂਟ ਹੋਈਆਂ ਆ। ਉੱਥੇ ਵੀ ਕਾਫੀ ਫਸਵੀਂ ਟੱਕਰ ਆ, ਪਰ ਵੋਟਾਂ ਦਾ ਫਰਕ 1,80,000 85,000 ਦੇ ਕਰੀਬ ਹੋ ਗਿਆ। ਡੋਨਲਡ ਟਰੰਪ ਉਹਨਾਂ ਕੋਲ 16,31,686 ਆ, ਤੇ ਕਮਲਾ ਹੈਰਿਸ ਕੋਲ 14,49,998 ਦੇ ਕਰੀਬ ਹੈਗੀਆਂ। ਜੀ ਨਾਲ ਦੇ ਨਾਲ ਇਹ ਦੱਸਦੀ ਕਿ ਸਿਰਫ 2 ਸਟੇਟਸ ਨੇਵਾਡਾ ਤੇ ਅਲਾਸਕਾ, ਇਹ 2 ਸਟੇਟਸ ਆ ਜਿਨ੍ਹਾਂ ਦੇ ਰਿਜ਼ਲਟ ਅਜੇ ਆਪਾਂ ਕੋ ਸਾਹਮਣੇ ਆਉਣੇ ਨਹੀਂ ਸ਼ੁਰੂ ਹੋਏ। ਉਹ ਤੋਂ ਇਲਾਵਾ ਜਾਂ ਤਾਂ ਬਾਕੀ ਜਿਹੜੀ ਸਾਰੀਆਂ ਸਟੇਟਸ ਆ ਜਾਂ ਤਾਂ ਉਹ ਕਾਲ ਕਰ ਦਿੱਤੀਆਂ ਗਈਆਂ, ਤੇ ਜਾਂ ਉਹਨਾਂ ਦੇ ਜਿਹੜੇ ਰਿਜ਼ਲਟ ਆ ਉਹ ਸਾਡੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਜਿਹੜੀ ਵੱਡੀਆਂ ਸਟੇਟ ਆ ਜਿਹਨੂੰ ਸਵਿੰਗ ਸਟੇਟ ਵੀ ਕਹਿ ਦਿੰਦੇ ਜਾਂ ਕੀ ਰੇਸਿਸ ਹੈਗੇ, ਉਹਨਾਂ ਦੇ ਵਿੱਚ ਜਾਰਜੀਆ ਵਿੱਚ ਬਹੁਤ ਹੀ ਸ਼ੁਰੂ ਤੋਂ ਹੀ ਰਹੀ ਆ। ਉਹਦੇ ਵਿੱਚ 93% ਜਿਹੜੀ ਰਿਪੋਰਟਿੰਗ ਹੋ ਚੁੱਕੀ ਆ। ਇਹਦੇ 16 ਇਲੈਕਟੋਰਲ ਵੋਟਸ ਆ ਇੱਥੋਂ ਦੀਆਂ, ਤੇ ਡੋਨਲਡ ਟਰੰਪ ਇੱਥੇ ਅੱਗੇ ਚੱਲ ਰਹੇ ਆ ਤਕਰੀਬਨ 1.5-2 ਲੱਖ ਦੇ ਫਰਕ ਦੇ ਨਾਲ ਜੀ। ਨਾਲ ਦੇ ਨਾਲ ਪੈਂਸਿਲਵੇਨੀਆ ਦੀ ਗੱਲ ਕਰਦੇ ਆ, ਉੱਥੇ 19 ਇਲੈਕਟੋਰਲ ਵੋਟਸ ਆ, ਤੇ ਉੱਥੇ ਵੀ ਜਿਹੜੇ ਡੋਨਲਡ ਟਰੰਪ ਆ ਉਹ ਅੱਗੇ ਚੱਲ ਰਹੇ ਆ, ਤੇ ਉਹੀ ਤਕਰੀਬਨ 2 ਲੱਖ ਵੋਟਾਂ ਦਾ ਜਿਹੜਾ ਉੱਥੇ ਸਾਨੂੰ ਦੇਖਣ ਨੂੰ ਮਿਲ ਰਿਹਾ। ਸੋ ਇਹ ਜਿਹੜੇ ਆ ਜੀ ਟਰੰਪ ਹੁਣੀ ਕਹਿੰਦੇ ਬਈ ਆਪਣੀ ਜਿਹੜੀ ਪਾਰਟੀ ਆ ਉਹ ਜਿੱਥੇ ਕਰਨੀ ਆ ਉਹਨੀ ਮਾਰੇ ਲਾਗੋ ਤੋਂ, ਜਿੱਥੇ ਉਹਨਾਂ ਦਾ ਜਿਹੜੀ ਜਗ੍ਹਾ ਹੈਗੀ ਆ ਜਿੱਥੇ ਰਹਿੰਦੇ ਆ ਉੱਥੇ ਜਾ ਰਹੇ ਆ, ਤੇ ਉਹਦੇ ਉੱਤੇ ਜਿਹੜੇ ਉਹਨਾਂ ਦੇ ਸਪੋਰਟਰਸ ਆ ਉਹ ਵੱਡੀ ਗਿਣਤੀ ਦੇ ਵਿੱਚ ਉੱਥੇ ਇਕੱਠੇ ਹੋਏ ਹੈਗੇ ਆ। ਜੀ ਜੀ ਸੋ ਪਹਿਲਾਂ ਆਪਾਂ ਰਿਪੋਰਟਿੰਗ ਵੀ ਕਰਦੇ ਸੀ, ਉਹਨਾਂ ਦੇ ਨੇੜੇ ਦੇ ਸਮਰਥਕ ਆ, ਖਾਸ ਤੌਰ ਤੇ ਇਲਨ ਮਸਕ ਇਸੇ ਗੱਲ ਕਰਦੇ ਸੀ। ਉਹਨਾਂ ਨੇ ਵੀ ਜਿਹੜੀ ਗੱਲਬਾਤ ਆਪਣੀ ਕੀਤੀ ਸੀ ਮਾਰੋ ਲੋਗੋ ਤੋਂ ਹੀ ਕੀਤੀ ਸੀ, ਜਿਹੜੇ ਕਿ ਜਿੱਥੇ ਬਿਲਕੁਲ ਸਾਰੇ ਇਕੱਠੇ ਬੈਠੇ ਨੇ ਤੇ ਸਾਰੇ ਜਣੇ ਜਿਹੜਾ ਉਹ ਦੇਖ ਰਹੇ ਆ। ਹੁਣ ਜਿਹੜਾ ਹਰਜੋਤ ਸਿੰਘ ਜੀ ਨੰਬਰਸ ਕਹਿੰਦਾ ਏਦਾਂ ਨਹੀਂ ਜਿਹੜੀਆਂ ਹੁਣ ਛਾਲਾਂ ਵੱਜਣੀਆਂ। ਇੱਕ ਪਾਸੇ ਆਪਾਂ ਦੇਖ ਰਹੇ ਹਾਂ ਵੀ ਰਹਿ ਗਏ ਨੇ ਥੋੜਾ ਵਕਤ, ਇੱਕ ਪਾਸੇ ਥੋੜੇ ਜਿਹੜੇ ਉਹ ਨੰਬਰ, ਇੱਕ ਪਾਸੇ 40 ਜਿਹੜੇ ਆ ਉਹਦੀ ਦਰਕਾਰ ਆ, ਤੇ ਇੱਕ ਪਾਸੇ ਜਿਹੜੀ ਆ ਉਹਨਾਂ ਨੂੰ 60 ਦੀ ਦਰਕਾਰ ਆ। ਸੋ 100 ਦਾ ਜਿਹੜਾ ਇਹ ਰੌਲਾ ਰੱਪਾ ਹੈਗਾ ਆ ਓਵਰਆਲ ਇਸ ਪੂਰੇ ਮਾਮਲੇ ਦੇ ਵਿੱਚ, ਪਰ ਉਨੀਆਂ ਜਿਹੜੀਆਂ ਵੋਟਾਂ ਆ ਉਹ ਰਹਿ ਨਹੀਂ ਗਈਆਂ, ਉਨੀਆਂ ਜਿਹੜੀ ਇਲੈਕਟਰਲ ਵੋਟਸ ਆ ਉਹ ਰਹਿ ਨਹੀਂ ਗਈਆਂ। 93 ਸੀਗੀਆਂ, 93 ਚੋਂ 16 ਜਿਹੜੀਆਂ ਟਰੰਪ ਦੇ ਹੱਕ ਦੇ ਵਿੱਚ ਭੁਗਤ ਗਈਆਂ, ਜਿਹੜੀਆਂ ਸਵਿੰਗ ਸਟੇਟ ਸੀਗੀਆਂ। ਉਹਨਾਂ ਦੇ ਵਿੱਚੋਂ 77 ਜਿਹੜੀਆਂ ਆ ਉਹਨਾਂ ਦਾ ਹੋਣਾ ਜਿਹੜਾ ਉਹ ਕੰਮ ਅਜੇ ਹੋਣਾ ਬਾਕੀ ਆ, ਉਹ ਪ੍ਰੋਜੈਕਟ ਹੋਣੀਆਂ ਬਾਕੀ ਆ। ਸੋ ਇਹੀ ਸਟੇਟਸ ਨੇ ਡਿਸਾਈਡ ਕਰਨਾ, ਜਿੱਦਾਂ ਇਹ ਸੋਚਿਆ ਗਿਆ ਸੀਗਾ ਬਿਲਕੁਲ ਉਸੇ ਹੀ ਲੈਵਲ ਦੇ ਉੱਤੇ, ਉਸੇ ਹੀ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਆ। ਜਿਹੜੀਆਂ ਸਟੇਟਸ ਦੇ ਵਿੱਚ ਸੋਚਿਆ ਗਿਆ ਸੀਗਾ ਵੀ ਉੱਥੇ ਟਰੰਪ ਜਿੱਤਣਗੇ, ਉੱਥੇ ਉਹ ਜਿੱਤੇ ਨੇ। ਜਿਹੜੀਆਂ ਸਟੇਟਸ ਦੇ ਵਿੱਚ ਸੋਚਿਆ ਗਿਆ ਸੀਗਾ ਵੀ ਕਮਲਾ ਹੈਰਿਸ ਜਿੱਤੂਗੀ, ਉਹ ਉੱਥੇ ਜਿਹੜੀ ਉਹ ਜਿੱਤੀ ਹੈਗੀ ਆ। ਮਿਨੇਸੋਟਾ ਲਾਈਕਲੀ ਬਲੂ ਦੱਸਿਆ ਗਿਆ ਸੀ, ਉਹ ਹਾਲ ਦੀ ਘੜੀ ਲੀਡ ਕਰ ਰਹੇ ਆ, ਪਰ ਉਹ ਬੈਟਲ ਗਰਾਊਂਡ ਸਟੇਟ ਨਹੀਂ ਸੀਗੀ, ਬਟ ਸਮਹਾਓ ਇਹ ਜਿਹੜੀ ਬੈਟਲ ਗਰਾਊਂਡ ਸਟੇਟ ਆ ਉਹ ਬਣੀ ਪਈ ਆ। ਫਿਰ ਵੀ ਜਿਹੜੀ ਕਮਲਾ ਹੈਰਿਸ 4% ਪੁਆਇੰਟ ਦੇ ਨਾਲ ਉੱਥੇ ਅੱਗੇ ਚੱਲ ਰਹੀ ਆ। 10 ਉੱਥੇ ਦੀਆਂ ਸੀਟਾਂ ਨੇ, ਤੇ ਉਹਦੇ ਵਿੱਚ ਜਿਹੜੀਆਂ 61% ਵੋਟਾਂ ਹੁਣ ਤੱਕ ਕਾਊਂਟ ਹੋਈਆਂ। ਕਮਲਾ ਹੈਰਿਸ ਜਿਹੜੀ ਆ 1,25,409 ਵੋਟ, ਤੇ ਡੋਨਲਡ ਟਰੰਪ ਜਿਹੜੇ ਆ 9,46,677 ਵੋਟ ਦੇ ਨਾਲ ਉੱਥੇ ਚੱਲ ਰਹੇ ਆ। ਆਪਣੇ ਨਾਲ ਹਰਜੋਤ ਸਿੰਘ ਜੀ ਕਾਲਰ ਵੀ ਨੇ, ਫਿਰ ਆਪਾਂ ਉਹਨਾਂ ਨੂੰ ਲੈ ਕੇ ਆਪਾਂ ਹੋਰ ਜਿਹੜੀ ਗੱਲਬਾਤ ਆ ਉਸ ਨੂੰ ਵੀ ਜਾਰੀ ਰੱਖਾਂਗੇ। ਗੁਰਦੀਪ ਜੀ ਆਪਣੇ ਨਾਲ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ ਭਾਜੀ, ਗੁਰਦੀਪ ਸਿੰਘ ਬੋਲ ਰਿਹਾ ਜੀ ਮੈਲਬਨ ਤੋਂ, ਆਸਟ੍ਰੇਲੀਆ ਤੋਂ। ਹਾਂਜੀ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਜ਼ਿਆਦਾ ਨੌਲੇਜ ਤਾਂ ਨਹੀਂ ਹੈਗੀ ਤੁਹਾਡੀ ਕੰਟਰੀ ਦੇ ਇਲੈਕਸ਼ਨ ਦੀ, ਪਰ ਇੰਨਾ ਪਤਾ ਹੈ ਜੀ ਟਰੰਪ ਤੇ ਕਮਲਾ ਹੈਰਿਸ ਉਹ ਰਿਪਬਲਿਕਨ ਦੇ ਤੇ ਉਹ ਡੈਮੋਕ੍ਰੇਟ ਦੇ ਨੇ, ਤੇ ਚਲੋ ਅਸੀਂ ਵਾਚ ਕਰ ਰਹੇ ਹਾਂ, ਨਾਲ ਨਾਲ ਤੁਹਾਡੇ ਸੁਣ ਵੀ ਰਹੇ ਹਾਂ, ਗੂਗਲ ਤੇ ਵੀ ਦੇਖ ਰਹੇ ਹਾਂ ਰਿਜ਼ਲਟ। ਤੇ ਪਰ ਭਾਜੀ ਸਾਡੀ ਤਾਂ ਇੱਕੋ ਹੀ ਗੱਲ ਹੈ, ਤੁਹਾਡਾ ਵਾਲਾ ਕੰਮ ਨਿਬੜਨਾ ਚਾਹੀਦਾ ਸੀ। ਸਾਡੀਆਂ ਕੰਟਰੀਆਂ ਖੜੀਆਂ ਨੇ ਸਾਰੀਆਂ, ਇੱਕ ਪਾਸਾ ਲੱਗੂਗਾ ਤੇ ਸਾਡਾ ਕੰਮ ਤੁਰਨੇ ਆ। ਠੀਕ ਹੈ। ਹਾਂਜੀ ਹਾਂਜੀ, ਬੜੇ ਚਿਰ ਦੀ ਵੇਟ ਕਰ ਰਹੇ ਜੀ ਕਦੋਂ 5 ਨਵੰਬਰ ਆਏਗੀ ਤੇ ਕਦੋਂ ਸਾਡੇ ਟਰੱਕ ਟੁੱਕ ਤੁਰਨਗੇ। ਜਿਹੜੀ ਕੋਈ ਗੱਲ ਹੁੰਦੀ ਆ ਅਮਰੀਕਾ ਦਾ ਇਲੈਕਸ਼ਨ, ਉਹ ਨਿਊਜ਼ੀਲੈਂਡ ਵੀ ਹੋ ਗਿਆ, ਸਾਡੇ ਵਾਲਾ ਕੰਟਰੀ ਵੀ ਹੋ ਗਿਆ ਜੀ, ਤੁਹਾਡੇ ਤੇ ਉਹ ਬੈਠੇ ਹੋਏ ਨੇ, ਪਤਾ ਨਹੀਂ ਕੀ ਕਨੈਕਸ਼ਨ ਇਹਨਾਂ ਦੇ ਆਪਸ ਚ। ਤੇ ਉਹ ਅੱਜ ਵੀ ਹੱਸ ਰਹੇ ਸੀਗੇ ਵੀ ਨਹੀਂ, ਇਹ ਏਦਾਂ ਹੀ ਹੈ ਨਾ, ਜਿੱਦਾਂ ਪਿੰਡ 'ਚ ਜਦੋਂ ਸਰਪੰਚੀ ਹੁੰਦੀ, ਸਰਪੰਚ ਬਣੂਗਾ ਤਾਂ ਫਿਰ ਦੇਖਾਂਗੇ। ਇਹ ਹੁਣ ਦੁਨੀਆ ਦਾ ਸਰਪੰਚ ਬਣੂਗਾ ਤਾਂ ਫਿਰ ਅੱਗੇ ਦੇਖਾਂਗੇ ਵੀ ਕੀ ਬਣਦਾ ਹੈ। ਹੋਰ ਕੀ ਭਾਜੀ, ਕਿਸੇ ਪਾਸੇ ਇਹੀ ਵੀ ਲੱਗਾਂਗੇ ਸਾਰੇ। ਪਰ ਅੱਜ ਤਾਂ ਭਾਜੀ ਸਾਡਾ ਨਾ ਇਹਨਾਂ ਨੂੰ ਹੁੰਦਾ ਨਾ ਕ੍ਰਿਸਮਸ, ਸਾਡਾ ਮਤਲਬ ਇਹੀ ਸਾਡੇ ਕੰਮ ਦਾ ਹੁੰਦਾ ਹੈ ਕਿ ਭਾਜੀ ਕੰਮ ਮਤਲਬ ਸਾਰੇ ਚਲੋ ਆਲ ਓਵਰ ਸਾਰੇ ਇਕੋਨਮੀ ਉਵੇਂ ਆ। ਤੇ ਖੈਰ ਸਾਡੀ ਕੰਟਰੀ ਵੀ ਅਸੀਂ ਇੱਥੋਂ ਲੰਘ ਰਹੀ ਹੈ ਜੀ, ਅਸੀਂ ਵੀ ਉਹ ਭੁਗਤ ਰਹੇ ਹਾਂ। ਤੇ ਉਹ ਜਦੋਂ ਵੀ ਕੋਈ ਗੱਲ ਚੱਲਦੀ ਸੀ ਨਾ ਜੀ, ਮਤਲਬ ਉਹੀ ਵੀ ਯੂਐਸ ਇਲੈਕਸ਼ਨ ਦੀ ਵੇਟ ਹੋ ਰਹੀ ਆ, ਉਹ ਤੁਹਾਨੂੰ ਮੈਂ ਚਲੋ ਇੱਕ ਪਾਸਾ ਲੱਗੂਗਾ, ਚਲੋ ਉਹ ਵੀ ਘਰੇ ਠੰਡੇ ਹੋ ਕੇ ਬੈਠ ਕੇ ਤੇ ਲੋਕਾਂ ਦੇ ਕੰਮ ਕਾਰ ਤੁਰਨਗੇ ਜੀ। ਬਿਲਕੁਲ ਜੀ, ਥੈਂਕ ਯੂ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਹਾਲ ਦੀ ਘੜੀ ਜਿਹੜਾ ਉਹ ਆਪਾਂ ਨੂੰ ਰਿਪੋਰਟਸ ਇਹ ਆ ਰਹੀਆਂ ਆ, ਕਮਲਾ ਹੈਰਿਸ ਉਹੀ ਅਜੇ ਉਹਨਾਂ ਦਾ ਪਲਾਨ ਨਹੀਂ ਆ ਵੀ ਕਿਸੇ ਚੀਜ਼ ਨੂੰ ਐਡਰੈਸ ਕਰਨ ਦਾ, ਨਾ ਹੀ ਜਿਹੜਾ ਉਹ ਡੋਨਲਡ ਟਰੰਪ ਹੋਣਾ ਦਾ। ਸਾਰੇ ਜਾਣੇ ਜਿਹੜੇ ਫੈਸਲਿਆਂ ਦੀ ਜਿਹੜੀ ਆ ਉਹ ਉਡੀਕ ਦੇ ਵਿੱਚ ਨੇ, ਜਿੰਨੀ ਦੇਰ ਤੱਕ ਜਿਹੜਾ ਫੈਸਲਾ ਨਹੀਂ ਆਉਂਦਾ। ਪਰ ਇਹ ਦੇਖਿਆ ਗਿਆ ਵੀ ਜਿਹੜੇ ਟਰੰਪ ਹੋਣੀ, ਜਿੱਦਾਂ ਤੁਸੀਂ ਦੱਸਿਆ, ਮਾਰੋ-ਲਾਗੋ ਨੂੰ ਜਾ ਰਹੇ ਆ, ਉੱਥੇ ਸ਼ਾਇਦ ਜਿਹੜੇ ਉਹਨਾਂ ਦੇ ਸਪੋਰਟਰਸ ਆਏ ਆ ਉਹਨਾਂ ਨੂੰ ਜਿਹੜਾ ਸੰਬੋਧਨ ਹੋ ਸਕਦੇ ਆ, ਉਹਨਾਂ ਨੂੰ ਜਿਹੜੀਆਂ ਚੀਜ਼ਾਂ ਕੁਛ ਜਿਹੜੀਆਂ ਉੱਤੇ ਬਿਆਨ ਜਿਹੜਾ ਉਹ ਦੇ ਸਕਦੇ ਆ। ਇਲੈਕਸ਼ਨ ਨਤੀਜਿਆਂ ਦੇ ਉੱਤੇ ਸਵਾਲ ਕਰ ਦੇਣਗੇ, ਜੇ ਜਿੱਤ ਗਏ ਫਿਰ ਉਹ ਠੀਕ ਹੋ ਜਾਣਗੇ, ਜੇ ਹਾਰ ਗਏ ਫਿਰ ਉਹ ਗਲਤ ਹੋ ਜਾਣਗੇ। ਇਹ ਕੀ ਹੋਊਗਾ ਇਹ ਤਾਂ ਹੁਣ ਆਉਣ ਵਾਲਾ ਵਕਤ ਜਿਹੜਾ ਇਸ ਦੇ ਵਿੱਚ ਦੱਸੂਗਾ। ਪਰ ਡਿਸੀਜਨ ਜਿਹੜਾ ਡੈਸਕ ਆ ਜਾਂ ਡਿਸੀਜਨ ਕੀ ਆ ਰਿਹਾ ਆ ਉਹ ਤੁਹਾਨੂੰ ਦੱਸਾਂਗੇ। ਟਰੰਪ ਹੁਣਾਂ ਦੀ ਜਿਹੜੀ ਲੀਡ ਆ ਇੱਕ ਟਾਈਮ ਦੇ ਉੱਤੇ ਜਾਰਜੀਆ ਦੇ ਵਿੱਚ 2 ਲੱਖ ਦੇ ਉੱਤੇ ਪਹੁੰਚ ਗਈ ਸੀ, ਉਹ ਘਟ ਕੇ ਹਰਜੋਤ ਸਿੰਘ ਜੀ 1,20,000 ਦੇ ਉੱਤੇ ਥੱਲੇ ਆ ਜਿਹੜੀ ਉਹ ਆ ਗਈ ਆ। ਸੋ ਇਹ ਫਰਕ ਜਿਹੜਾ ਉੱਥੇ ਪਿਆ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ ਨੇ। ਸੋ ਦੇਖੋ ਇਸ ਦੇ ਵਿੱਚ ਕੀ ਹੁੰਦਾ ਆ। 4 ਮਿਲੀਅਨ ਯਾਨੀ ਕਿ 40 ਲੱਖ ਵੋਟਾਂ ਤਕਰੀਬਨ ਇਲੈਕਸ਼ਨ ਡੇ ਤੋਂ ਪਹਿਲਾਂ ਕਾਸਟ ਜਿਹੜੀਆਂ ਉੱਥੇ ਹੋਈਆਂ ਸੀ। ਇਲੈਕਸ਼ਨ ਡੇ ਵਾਲੀਆਂ ਵੋਟਾਂ ਦੇ ਵਿੱਚ ਡੋਨਲਡ ਟਰੰਪ ਜਾਰਜੀਆ ਦੇ ਵਿੱਚ 8% ਪੁਆਇੰਟਸ ਦੇ ਨਾਲ ਲੀਡ ਕਰ ਰਹੇ ਆ, ਤੇ ਇਹ ਬਿਲਕੁਲ ਟ੍ਰੈਂਡ ਦੇ ਨਾਲ ਜਿਹੜਾ ਉਹ ਦੇਖਿਆ ਗਿਆ ਆ। ਰੀਜ਼ਨ ਕੀ ਆ, ਜਿਹੜੇ ਇਨ ਪਰਸਨ ਵੋਟਿੰਗ ਆ ਉਹ ਰਿਪਬਲਿਕਨਸ ਜ਼ਿਆਦਾ ਕਰਦੇ ਆ, ਤੇ ਜਾਰਜੀਆ ਦੇ ਵਿੱਚ ਉਹੀ ਚੀਜ਼ ਜਿਹੜੀ ਉਹ ਵਾਪਰੀ ਆ, ਤੇ ਉਹਦੇ ਵਿੱਚ ਉਹ ਲੀਡ ਦੇ ਵਿੱਚ ਰਹੇ ਆ। ਤੇ ਦੂਜੇ ਪਾਸੇ ਜਿਹੜੀਆਂ ਪਹਿਲੋਂ ਹੋਈਆਂ ਵੋਟਸ ਆ, ਕਾਸਟ ਆ, ਉਹਨਾਂ ਦੀ ਜਿਹੜੀ ਗਿਣਤੀ ਆ ਉਹ ਹੁਣ ਚੱਲ ਰਹੀ ਹੈਗੀ ਆ। ਸੋ ਤੁਹਾਨੂੰ ਆਪਾਂ ਨਾਲ ਦੇ ਨਾਲ ਬਾਕੀ ਵੀ ਜਿਹੜੀਆਂ ਵੋਟਸ ਵੱਲ ਨੂੰ ਜਿਹੜਾ ਉਹ ਦੱਸਦੇ ਜਾਈਏ। ਕੈਲੀਫੋਰਨੀਆ ਦੀ ਜਿਹੜੀ ਪ੍ਰੋਪੋਜੀਸ਼ਨ 32 ਇਹ ਇੱਕ ਵਾਰ ਉਹ 9 ਦੇ ਵੱਲ ਨੂੰ ਜਿਹੜੀ ਉਹ ਵੱਧ ਰਹੀ ਆ। 3 ਲੱਖ ਵੋਟਸ ਦੇ ਨਾਲ ਜਿਹੜੀ ਮਿਨੀਮਮ ਵੇਜ ਨਾ ਵਧਾਉਣ ਵੱਲ ਨੂੰ ਜਿਹੜੇ ਲੋਕਾਂ ਨੇ ਵੋਟ ਪਾਈ ਆ। ਪ੍ਰੋਪੋਜੀਸ਼ਨ 3 ਜਿਹੜੀ ਰਾਈਟ ਟੂ ਮੈਰੀ ਤੇ ਰਿਪੀਲ ਪ੍ਰੋਪੋਜੀਸ਼ਨ 8 ਉਹ ਜਿੱਤ ਗਈ ਆ। ਉਹਨੂੰ 4.6 ਮਿਲੀਅਨ ਵੋਟਾਂ ਮਿਲੀਆਂ, ਤੇ ਆਪੋਜੀਸ਼ਨ ਦੇ ਵਿੱਚ ਉਸਨੂੰ 2.7 ਮਿਲੀਅਨ ਜਿਹੜੀਆਂ ਉਹ ਵੋਟਾਂ ਹੁਣ ਤੱਕ ਮਿਲ ਚੁੱਕੀਆਂ ਹੈਗੀਆਂ ਜੀ। ਸੋ ਬਿਲਕੁਲ ਸਰੋਤਿਓ, ਕਾਲ ਕਰਿਓ ਤਾਂ ਕਿ ਆਪਾਂ ਵੀ ਐਕਟਿਵ ਰਹੀਏ, ਫਿਰ ਆਪਾਂ ਵੀ ਠੰਡੇ ਨਾ ਪਈਏ। ਟੈਲੀਫੋਨ ਨੰਬਰ ਹੈਗਾ 408 272 5200। ਸੋਸ਼ਲ ਮੀਡੀਆ ਤੇ ਬਹੁਤ ਸਾਰੇ ਕਮੈਂਟਸ ਆ, ਉਹਨੇ ਆਪਾਂ ਪੜ੍ਹ ਨਹੀਂ ਸਕਦੇ ਹੈਗੇ, ਤੇ ਤੁਸੀਂ ਕਾਲ ਕਰ ਸਕਦੇ ਹੋ 4082725200। ਹਰਜੋਤ ਸਿੰਘ ਜੀ ਸੌਰੀ ਇਹਦੇ ਵਿੱਚ ਤੁਹਾਨੂੰ ਮੈਂ ਵਿੱਚ ਡੱਕਤਾ। ਪ੍ਰੋਪੋਜੀਸ਼ਨ 36 ਉਹ ਜਿੱਤ ਗਈ ਆ ਜੀ। ਇਹ ਇੱਕ ਜਿਹੜੀ ਆ ਉਹ ਲੋਕਾਂ ਦਾ ਬਹੁਤ ਜ਼ਿਆਦਾ ਜ਼ੋਰ ਲੱਗਾ ਸੀ, ਖਾਸ ਕਰਕੇ ਜਿਹੜੇ ਸਮਾਲ ਬਿਜ਼ਨਸ ਓਨਰਸ ਤੇ ਨਾਲ ਦੇ ਨਾਲ ਆਮ ਲੋਕ ਵੀ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ, ਜਿਹੜੇ $950 ਦੀ ਜਿਹੜੀ ਚੋਰੀ ਵਾਲੇ ਉਸ ਨੂੰ ਲੈ ਕੇ। ਸੋ 5.2 ਮਿਲੀਅਨ ਵੋਟ ਉਸ ਦੇ ਹੱਕ ਦੇ ਵਿੱਚ ਹਰਜੋਤ ਸਿੰਘ ਜੀ ਪੈ ਚੁੱਕੀ ਆ, ਤੇ 9 ਦੇ ਵਿੱਚ ਉਹਦੇ ਸਿਰਫ 2.1 ਮਿਲੀਅਨ। ਸੋ ਕੈਲੀਫੋਰਨੀਆ ਦੇ ਵਿੱਚ ਪ੍ਰੋਪ 36 ਜਿਹੜੀ ਆ ਉਹ ਜਿੱਤ ਗਈ ਆ, ਉਸ ਨੂੰ ਹਾਮੀ ਭਰੀ ਗਈ ਆ। ਇਸ ਬੈਲਟ ਮੈਜਰ ਦੇ ਨਾਲ ਜਿਹੜੇ ਰਿਪੀਟ ਚੋਰੀ ਕਰਨ ਵਾਲੇ ਆ ਉਹਨਾਂ ਨੂੰ ਜਿਹੜੀਆਂ ਆ ਹੁਣ ਸਖਤ ਜਾਂ ਉਸ ਪਹਿਲਾਂ ਦੇ ਨਾਲੋਂ ਵੱਧ ਸਜ਼ਾਵਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਊਗਾ।
ਜਿਹਦੇ ਵਿੱਚ ਡਰੱਗ ਕ੍ਰਾਈਮਸ ਜਾਂ ਰਿਪੀਟ ਥੈਫਟ offenses ਜਿਹੜੇ ਆ ਉਹ ਹੋਣਗੇ, ਚਾਹੇ ਫੈਂਟਨਲ ਦੇ ਨਾਲ ਸੰਬੰਧਿਤ ਕੋਈ ਜੁਰਮ ਜਿਹੜਾ ਉਹ ਹੋਵੇ। ਸੋ ਇਹਦੇ ਨਾਲ ਨਾਲ ਇੱਕ ਡਰੱਗ ਕੋਰਟ ਟ੍ਰੀਟਮੈਂਟ ਦੇ ਲਈ ਬਣਾਇਆ ਜਾਊਗਾ। ਜਿਨ੍ਹਾਂ ਦੇ ਕੋਲ ਮਲਟੀਪਲ ਡਰੱਗ ਜਿਹੜੀਆਂ ਕਨਵਿਕਸ਼ਨਸ ਆ, ਉਹਨਾਂ ਨੂੰ ਸ਼ਾਇਦ ਇੱਕ ਗੱਲ ਜਿਹੜੀ ਚਰਚਾ ਚੱਲੀ ਸੀ ਵੀ ਧੱਕੇ ਦੇ ਨਾਲ ਉਹਨਾਂ ਦਾ ਇਲਾਜ ਕਰਨ ਵਾਲੇ ਪਾਸੇ ਨੂੰ ਸ਼ਾਇਦ ਆਪਾਂ ਗੱਲ ਵੱਧਦੀ ਹੋਈ ਜਿਹੜੀ ਉਹ ਹੁਣ ਦੇਖਾਂਗੇ। ਇਸ ਦੇ ਉੱਤੇ ਮਨੀ ਕਿੰਨੀ ਸਪੈਂਡ ਹੋਊਗੀ ਡਰੱਗ ਵਾਲੀ ਚੀਜ਼ ਨੂੰ ਲੈ ਕੇ, ਉਹ ਦੇਖਣ ਵਾਲੀ ਗੱਲ ਆ। ਪਰ ਚੋਰੀ ਚਕਾਰੀ ਤੋਂ ਜਿਹੜੇ ਕਹਿ ਲਓ ਵੀ ਤੰਗ ਪਰੇਸ਼ਾਨ ਆਏ ਲੋਕ ਆ, ਉਹਨਾਂ ਨੇ ਕੈਲੀਫੋਰਨੀਅਨਸ ਨੇ ਇਹ ਜਿਹੜੀ ਚੀਜ਼ ਕਰ ਦਿੱਤੀ ਹੈ ਵੀ ਪ੍ਰੋਪ 36 ਨੂੰ ਜਿਤਾ ਦਿੱਤਾ ਆ। ਜੀ ਬਿਲਕੁਲ, ਬਹੁਤ ਰਿਜ਼ਲਟਸ ਆਣੇ ਕੈਲੀਫੋਰਨੀਆ ਦੇ ਵਿੱਚ ਸ਼ੁਰੂ ਹੋ ਗਏ ਹੈਗੇ ਆ। ਤੇ ਜੇ ਆਪਾਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਰਿਜ਼ਲਟਸ ਦੀ ਗੱਲ ਕਰੀਏ ਤੇ ਹਜੇ ਵੀ ਘੁੰਡੀ ਉੱਥੇ ਫਸੀ ਹੋਆ। ਕਮਲਾ ਹੈਰਿਸ ਉਹਨਾਂ ਦੇ ਕੋਲ 210, ਡੋਨਾਲਡ ਟਰੰਪ ਉਹਨਾਂ ਦੇ ਕੋਲ 230 ਇਲੈਕਟਰਲ ਵੋਟਸ ਆ। 7 ਕੀ ਰੇਸਸ ਜਿਹੜੀਆਂ 7 ਕੀ ਸਟੇਟਸ ਹੈਗੀਆਂ ਆ, ਉਹਨਾਂ ਦੀ ਹਜੇ ਕਿਸੇ ਨੇ ਵੀ ਜਿਹੜੀ ਕਾਲ ਨਹੀਂ ਕੀਤੀ ਹੈਗੀ। ਹਰਜੋਤ ਸਿੰਘ ਜੀ, ਇੱਕ ਦੀ ਹੋ ਗਈ ਆ ਨਾਰਥ ਕੈਰੋਲੀਨਾ ਦੀ, ਸੌਰੀ ਮੈਂ ਤੁਹਾਨੂੰ ਵਿੱਚ ਕਰੈਕਟ ਕਰਦਾ ਜਾਵਾਂ, ਨਾਰਥ ਕੈਰੋਲੀਨਾ ਦੀ ਹੋ ਗਈ, 6 ਜਿਹੜੀਆਂ ਰਹਿ ਗਈਆਂ ਨੇ ਜੀ। ਸੋ ਟਰੰਪ ਕੈਂਪੇਨ ਉਹਨਾਂ ਦੇ ਜਿਹੜੇ ਸਪੋਕਸ ਪਰਸਨ ਆ ਉਹ ਦੇਖ ਰਹੇ ਆ ਵੀ ਹੈਰਿਸ ਦੀ ਜਿਹੜੀ ਆਵਾਜ਼ ਪਾਰਟੀ ਆ ਉਹ ਕਿੱਦਾਂ ਦਾ ਉਹਨਾਂ ਦਾ ਜਿਹੜਾ ਮੂਡ ਉੱਥੇ ਇਸ ਟਾਈਮ ਹੈਗਾ ਆ। ਤੇ ਉਹਨਾਂ ਨੇ ਹੈਰਿਸ ਕੈਂਪੇਨ ਨੇ ਟਰਨ ਆਫ ਕਰ ਦਿੱਤੇ ਪ੍ਰੋਜੈਕਟਡ CNN ਬ੍ਰੌਡਕਾਸਟ ਐਟ ਇਟਸ ਇਲੈਕਸ਼ਨ ਨਾਈਟ ਵਾਚ ਪਾਰਟੀ, ਜਿਹੜੀ ਉਹਨਾਂ ਦੀ ਉੱਥੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਹੋਣੀ ਸੀਗੀ। ਸੋ ਉਹਨਾਂ ਨੂੰ ਹੁਣ ਇਹ ਲੱਗ ਰਿਹਾ ਵੀ ਅੱਜ ਇਹ ਜਿਹੜੀ ਆ ਇਲੈਕਸ਼ਨ ਡਿਸਾਈਡ ਨਹੀਂ ਹੋਣੀ ਹੈਗੀ, ਲੰਮਾ ਸਮਾਂ ਲੱਗੂਗਾ। ਕਿਉਂਕਿ ਹੁਣ ਜਿਸ ਹਿਸਾਬ ਦੇ ਨਾਲ ਵੋਟਾਂ ਦੀ ਕਾਊਂਟਿੰਗ ਚੱਲ ਰਹੀ ਆ, ਬੜੀ ਫਸਵੀਂ ਟੱਕਰ ਆ। ਹਰਜੋਤ ਸਿੰਘ ਜੀ, ਬ੍ਰੇਕਿੰਗ ਨਿਊਜ਼, ਸੌਰੀ ਵਿੱਚੇ ਤੁਹਾਨੂੰ ਰੋਕ ਰਿਹਾ, ਜਾਰਜੀਆ ਤੋਂ ਖਬਰ ਆ ਰਹੀ ਹੈ। ਜਾਰਜੀਆ ਦੇ ਸੈਕਟਰੀ ਆਫ ਸਟੇਟ ਨੇ ਐਲਾਨ ਕਰ ਦਿੱਤਾ, ਕਹਿੰਦੇ ਵੀ ਲੱਗਦਾ ਵੀ ਇੱਥੇ ਕੰਮ ਹੋ ਗਿਆ ਆ। ਇੱਥੇ ਜਿਹੜੇ ਡੋਨਾਲਡ ਟਰੰਪ ਆ ਉਹਨਾਂ ਦੀ ਲੀਡ ਇੰਨੀ ਕੁ ਜ਼ਿਆਦਾ ਹੋ ਚੁੱਕੀ ਆ ਵੀ ਉਸ ਨੂੰ ਕਮਲਾ ਹੈਰਿਸ ਜਿਹੜੀ ਆ ਉਹ ਸਰ ਨਹੀਂ ਕਰ ਸਕੂਗੀ। ਸੋ ਜਾਰਜੀਆ ਜਿਹੜੇ ਟਰੰਪ ਹੁਣਾਂ ਦੇ ਖਾਤੇ ਦੇ ਵਿੱਚ ਜਾਂਦਾ ਨਜ਼ਰ ਆ ਰਿਹਾ ਆ। ABC ਨਿਊਜ਼ ਵਾਲੇ ਆਲਰੇਡੀ ਉਸ ਨੂੰ ਪ੍ਰੋਜੈਕਟ ਕਰ ਰਹੇ ਆ ਵੀ ਡੋਨਾਲਡ ਟਰੰਪ ਜਾਰਜੀਆ ਨੂੰ ਜਿਹੜਾ ਉਹ ਜਿੱਤ ਗਏ ਆ, ਜੋ ਕਿ ਪਿਛਲੀਆਂ ਇਲੈਕਸ਼ਨ ਦੇ ਵਿੱਚ ਜੋ ਬਾਈਡਨ ਹੁਣਾਂ ਨੇ ਜਿਹੜਾ ਉਹ ਜਿੱਤਿਆ ਸੀਗਾ, ਉਹ ਕੁਝ ਕੁ ਹਜ਼ਾਰ ਵੋਟਾਂ ਦੇ ਨਾਲ ਹੀ ਜਿਹੜਾ ਉਹਨਾਂ ਨੂੰ ਜਿੱਤ ਉੱਥੇ ਜੋ ਬਾਈਡਨ ਨੂੰ ਮਿਲੀ ਸੀਗੀ। ਪਰ ਇਸ ਵਾਰ 2 ਲੱਖ ਤੋਂ ਵੱਧ ਦਾ ਤਕਰੀਬਨ ਉਸ ਦੇ ਵਿੱਚ ਫਾਸਲਾ ਹੈਗਾ ਆ। ਜਾਰਜੀਆ ਇੱਕ ਕੀ ਬੈਟਲ ਗਰਾਊਂਡ ਸਟੇਟ ਸੀਗੀ। ਸੋ ਜਾਰਜੀਆ ਦੇ ਵਿੱਚ ਟਰੰਪ ਦੀ ਨੇਰੀ ਜਿਹੜੀ ਲੱਗਦਾ ਆ ਉਹ ਝੁੱਲੀ ਆ। ਸੈਕਟਰੀ ਆਫ ਸਟੇਟ ਉਹੀ ਨੇ ਰੈਫਨਸਬਰਗਰ, ਜਿਨ੍ਹਾਂ ਦੇ ਨਾਲ ਟਰੰਪ ਹੁਣਾਂ ਦਾ ਕੇਸ ਜਿਹੜਾ ਉਹ ਚੱਲ ਰਿਹਾ ਸੀ। ਜਦ ਇਹਨਾਂ ਟਰੰਪ ਹੁਣਾਂ ਨੇ ਕਾਲ ਕੀਤੀ ਸੀਗੀ ਰੈਫਨਸਬਰਗਰ ਨੂੰ ਵੀ ਮੈਨੂੰ 20,000 ਵੋਟਾਂ ਜਿਹੜੀਆਂ ਭਾਈ ਲੱਭ ਕੇ ਦੇ ਤਾਂ ਜੋ ਮੈਂ ਉਹ ਜਿੱਤ ਸਕਾਂ। ਸੋ ਇਸ ਵਾਰ ਰੈਫਨਸਬਰਗਰ ਆਪ ਹੀ ਖੁਦ ਹੀ ਪਹਿਲਾਂ ਹੀ ਆ ਕੇ ਜਿਹੜਾ ਉਹ ਦੱਸ ਰਹੇ ਆ ਵੀ ਇਟ ਲੁਕਸ ਲਾਈਕ ਦਿਸ ਇਜ਼ ਪ੍ਰੀਟੀ ਮਚ ਡਨ। ਇਨਸਰਮਾਉਂਟੇਬਲ ਲੀਡ, ਯਾਨੀ ਕਿ ਨਾ ਸਰ ਹੋਣ ਵਾਲੀ ਜਿਹੜੀ ਲੀਡ ਆ ਜਾਰਜੀਆ ਦੇ ਵਿੱਚ ਟਰੰਪ ਨੂੰ ਮਿਲ ਚੁੱਕੀ ਆ। ਸੋ ਜੇ 16 ਤੁਸੀਂ ਇਸ ਦੇ ਵਿੱਚ ਹੋਰ ਕੱਢ ਲਓ ਤਾਂ 256 ਜਿਹੜੀਆਂ ਆ ਉਹ ਵੋਟਾਂ ਦੇ ਉੱਤੇ, ਇਲੈਕਟਰਲ ਵੋਟਾਂ ਦੇ ਉੱਤੇ ਜਿਹੜਾ ਟਰੰਪ ਆ ਉਹ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਆ। ਨਹੀਂ 230 ਪਲੱਸ 16 246 ਓਕੇ 240 ਨਹੀਂ ਸੀ 230। ਹਾਂਜੀ, ਇਹਦੇ ਵਿੱਚ ਇਹ ਦੱਸਦੇ ਜਾਈਏ ਕਿ ਜਾਰਜੀਆ ਦੇ ਵਿੱਚ ਜਿਹੜਾ ਵੋਟ ਡਿਫਰੈਂਸ ਆ ਉਹ 1 ਲੱਖ ਜਿਹੜਾ ਆ 85,000 ਦੇ ਕਰੀਬ ਹੁਣ ਹੈਗਾ ਆ। ਡੋਨਾਲਡ ਟਰੰਪ ਉਹਨਾਂ ਦੇ ਕੋਲ ਜਿਹੜੀਆਂ ਵੋਟਾਂ ਆ 26,02,408, ਕਮਲਾ ਹੈਰਿਸ ਉਹਨਾਂ ਦੇ ਕੋਲ 24,83,919 ਹੈਗੀਆਂ। ਅਦਰ ਕੈਂਡੀਡੇਟ ਦੇ ਕੋਲ 38,120 ਆ। ਸੋ ਜੇ 16 ਵੋਟਾਂ ਉਹ ਲੈ ਜਾਂਦੇ ਆ ਤੇ ਟਰੰਪ ਉਹਨਾਂ ਦੀ ਜਿਹੜੀ ਵਾਈਟ ਹਾਊਸ ਵੱਲ ਨੂੰ ਜਿਹੜਾ ਹੱਥ ਆ ਉਹ ਵੱਧਦਾ ਦਿਸਦਾ ਹੈਗਾ ਆ। ਇਸ ਤੋਂ ਬਿਨਾਂ ਫੇਰ ਆ ਜਾਓ ਪੈਂਸਲਵੇਨੀਆ ਜਿਹੜੀ ਆ ਉੱਥੇ 19 ਇਲੈਕਟਰਲ ਵੋਟਸ ਹੈਗੇ ਆ। ਸੋ ਉੱਥੇ ਵੀ ਟਰੰਪ ਸਭ ਤੋਂ ਵੱਡੀ ਸਟੇਟ ਆ ਜੀ ਉੱਥੇ ਵੀ ਟਰੰਪ ਹੁਣੀ ਇਸ ਵੇਲੇ 75,000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਆ ਕਮਲਾ ਹੈਰਿਸ ਤੋਂ। 86% ਵੋਟਾਂ ਉੱਥੇ ਕਾਊਂਟ ਹੋਈਆਂ ਆ, ਹਜੇ ਉੱਥੇ ਬਾਕੀ ਰਹਿੰਦੀਆਂ ਆ। ਮਿਸ਼ੀਗਨ ਦੇ ਵਿੱਚ ਮੈਨੂੰ ਲੱਗਦਾ ਵੀ ਟਰੰਪ ਹੁਣੀ ਕਾਫੀ ਅੱਗੇ ਚੱਲ ਗਏ ਹੈਗੇ ਆ। 15 ਇਲੈਕਟਰਲ ਵੋਟਸ ਆ, 2 ਲੱਖ ਵੋਟਾਂ ਦੇ ਫਰਕ ਦੇ ਨਾਲ ਅੱਗੇ ਆ, ਪਰ ਹਜੇ ਕਾਊਂਟ ਉੱਥੇ 56% ਹੀ ਹੋਈਆਂ। ਸੋ 17,36,494
ਟਰੰਪ ਉਹਨਾਂ ਦੇ ਕੋਲ ਆ, 15,24,442 ਕਮਲਾ ਹੈਰਿਸ ਕੋ ਆ। ਸੋ ਜੇ ਉਹ ਇਦਾਂ ਹੀ ਫਰਕ ਰੱਖਦੇ ਆ ਤੇ ਇੱਥੋਂ 15 ਉਹਨਾਂ ਨੂੰ ਮਿਲ ਜਾਣ ਤੇ ਬਾਕੀ ਆ ਜਾਰਜੀਆ ਦੀਆਂ 16 ਹੋ ਗਈਆਂ, ਸੋ 31 ਹੋ ਗਈਆਂ ਤੇ 261 ਬਣ ਜਾਂਦੀਆਂ, ਫਿਰ ਉਹਨਾਂ ਨੂੰ 9 ਹੀ ਹੋਰ ਇਲੈਕਟਰਲ ਵੋਟਸ ਚਾਹੀਦੇ ਹੈਗੇ ਆ। ਹਰਜੋਤ ਸਿੰਘ ਜੀ, ਜਿਹੜੀਆਂ 2 ਡਿਸਟ੍ਰਿਕਟਸ ਕੈਲੀਫੋਰਨੀਆ ਦੀਆਂ ਬਹੁਤ ਇੰਪੋਰਟੈਂਟ ਜਿਹੜੀਆਂ ਹਾਊਸ ਦੀਆਂ ਰੇਸਿਸ ਆ, ਜਿਸ ਦੇ ਵਿੱਚ ਇੱਕ ਥਾਂ ਤੇ ਜੌਨ ਡੁਆਰਟੇ ਉਹ ਰਨ ਕਰ ਰਹੇ ਸੀਗੇ ਤੇ ਇੱਕ ਪਾਸੇ ਜਿਹੜੇ ਆ ਵਲਡਾਹੋ ਹੁਣੀ ਉਹ ਲੀਡ ਜਿਹੜੇ ਕਰ ਰਹੇ ਆ। 22nd ਡਿਸਟ੍ਰਿਕਟ ਦੇ ਵਿੱਚ ਡੇਵਿਡ ਵਲਡਾਹੋ ਜਿਹੜੇ ਇਸ ਟਾਈਮ 8 ਪੁਆਇੰਟਸ ਦੇ ਨਾਲ ਅੱਗੇ ਜਿਹੜਾ ਉਹ ਚੱਲ ਰਹੇ ਆ ਤੇ ਯੂਐਸ ਦੀ ਹਾਊਸ ਦੀ ਜਿਹੜੀ 13th ਡਿਸਟ੍ਰਿਕਟ ਆ ਉੱਥੇ ਜਿਹੜਾ ਐਡਮ ਗ੍ਰੇ ਆ ਉਹ ਜੌਨ ਡੁਆਰਟੇ ਦੇ ਨਾਲੋਂ ਜਿਹੜਾ ਉਹ ਲੀਡ ਜਿਹੜਾ ਉਹ ਕਰ ਰਿਹਾ। ਬਹੁਤ ਹੀ ਜ਼ਿਆਦਾ ਫਸਵੀਂ ਜਿਹੜੀ ਉੱਥੇ ਟੱਕਰ ਐਡਮ ਗ੍ਰੇ ਹੋਣਾ ਵਾਲੀ ਤੇ ਜੌਨ ਡੁਆਰਟੇ ਵਾਲੀ ਆ ਉੱਥੇ ਜਿਹੜੀ ਉਹ ਦੇਖਣ ਨੂੰ ਮਿਲੀ ਆ। ਪਿਛਲੀ ਸਾਲ ਜੌਨ ਡੁਆਰਟੇ ਪਿਛਲੀਆਂ 2 ਸਾਲ ਪਹਿਲਾਂ ਜੌਨ ਡੁਆਰਟੇ ਨੇ ਐਡਮ ਗ੍ਰੇ ਨੂੰ ਉੱਥੇ ਜਿਹੜਾ ਉਹ ਹਰਾ ਦਿੱਤਾ ਸੀ ਤੇ ਇਸ ਵਾਰ ਜਿਹੜੇ ਐਡਮ ਗ੍ਰੇ ਹਾਲ ਦੀ ਘੜੀ ਜਿਹੜੀ ਉਹ ਲੀਡ ਕਰ ਰਹੇ ਆ। 22nd ਡਿਸਟ੍ਰਿਕਟ ਦੇ ਵਿੱਚ ਜਿਹੜੇ ਡੇਵਿਡ ਵਲਡਾਹੋ ਆ ਉਹ ਰਿਪਬਲਿਕਨ ਜਿਹੜੇ ਇਸ ਟਾਈਮ ਉੱਥੇ ਲੀਡ ਕਰ ਰਹੇ ਹੈਗੇ ਆ ਰੂਡੀ ਸੈਲਸ ਦੇ ਨਾਲੋਂ 6000 ਵੋਟ ਦਾ ਜਿਹੜਾ ਤਕਰੀਬਨ ਉੱਥੇ ਫਰਕ ਆ। ਐਡਮ ਸ਼ਿਫ ਹੁਣੀ ਜਿਹੜੇ ਆ ਯੂਐਸ ਦੀ ਸੈਨੇਟ ਰੇਸ ਜਿਹੜੀ ਕੈਲੀਫੋਰਨੀਆ ਦੇ ਵਿੱਚ ਉਹ ਜਿੱਤਦੇ ਨਜ਼ਰ ਆ ਰਹੇ ਆ। 42.1% ਵੋਟਾਂ ਕਾਊਂਟ ਹੋਈਆਂ ਤੇ ਉਹਨਾਂ ਦੇ ਕੋਲ 59.7% ਤੇ ਸਟੀਵ ਗਾਰਬੀ ਕੋਲ 40.3% ਹੈਗੀਆਂ। ਸੋ ਐਡਮ ਸ਼ਿਫ ਕੈਲੀਫੋਰਨੀਆ ਦੇ ਨਵੇਂ ਜਿਹੜੇ ਸੈਨੇਟਰ ਆ ਉਹ ਹੋਣਗੇ। ਕਾਫੀ ਉਹ ਸਿੱਖਾਂ ਦੇ ਫਰੈਂਡਲੀ ਹੈਗੇ ਆ, ਸਿੱਖ ਜੈਨੋਸਾਈਡ ਬਿੱਲ, ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਦੇ ਉਹ ਹੱਕ ਵਿੱਚ ਹੈਗੇ ਆ। ਜੀ ਬਿਲਕੁਲ। ਸੋ ਉੱਦਾਂ ਜੌਨ ਡੁਆਰਟੇ ਵੀ ਜਿਹੜੇ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਸਿੱਖ ਜੈਨੋਸਾਈਡ ਉਹ ਬਿੱਲ ਦੇ ਹੱਕ ਦੇ ਵਿੱਚ ਸੀਗੇ, ਪਰ ਹਾਲ ਦੀ ਘੜੀ ਜਿਹੜੇ ਉਹ ਦੂਜੇ ਆ ਉਹ ਲੀਡ ਜਿਹੜੇ ਇਸ ਟਾਈਮ ਕਰ ਰਹੇ ਹੈਗੇ ਆ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ। ਜਿਹੜੇ ਕਮਲਾ ਹੈਰਿਸ ਉਹ ਖੁਦ ਤਾਂ ਨਹੀਂ ਕਹਿੰਦੇ, ਕਮਲਾ ਹੈਰਿਸ ਦੇ ਜਿਹੜੇ ਕੈਂਪੇਨ ਦੇ ਕੋ-ਚੇਅਰ ਆ ਸੈਡਰਿਕ ਰਿਚਮੰਡ ਉਹ ਆਪਣੇ ਸਪੋਰਟਰਸ ਨੂੰ ਇਸ ਟਾਈਮ ਸੰਬੋਧਨ ਜਿਹੜਾ ਆ ਉਹ ਕਰ ਰਹੇ ਆ। ਸੋ 2 ਬੈਟਲ ਗਰਾਊਂਡ ਸਟੇਟਸ ਦੇ ਵਿੱਚੋਂ ਹਰਜੋਤ ਸਿੰਘ ਜੀ, ਜਾਰਜੀਆ ਤੇ ਨਾਰਥ ਕੈਰੋਲੀਨਾ, ਇਹਨਾਂ ਦੋਨਾਂ ਦੇ ਵਿੱਚ ਜਿਹੜੇ ਟਰੰਪ ਆ ਉਹ ਬਾਜੀ ਜਿਹੜੀ ਇੱਕ ਹਿਸਾਬ ਦੇ ਨਾਲ ਮਾਰ ਗਏ ਆ। ਜੀ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ more and more Trump supporters are gathering to hear the former president speak. ਸੋ ਉਹਨਾਂ ਦੇ ਵਿੱਚ એનર્ਜੀ ਜ਼ਿਆਦਾ ਲੱਗਦੀ ਆ। ਐਰੀਜ਼ੋਨਾ, ਨਵਾਡਾ ਤੇ ਪੈਂਸਿਲਵੇਨੀਆ ਇਹ ਕੀ ਰੇਸਸ ਹੈਗੀਆਂ, ਇਹ ਹਜੇ ਕਾਲ ਕਰਨੀ ਹੈ। ਨਵਾਡਾ ਦੇ ਵਿੱਚ ਹਜੇ ਜਿਹੜੀ ਕਾਊਂਟਿੰਗ ਆ ਉਹ ਸ਼ੁਰੂ ਨਹੀਂ ਹੋਈ ਹੈਗੀ। ਐਰੀਜ਼ੋਨਾ ਤੇ ਪੈਂਸਿਲਵੇਨੀਆ ਕੀ ਰੇਸਸ ਹੈਗੀਆਂ, ਇੱਥੋਂ ਪਤਾ ਚੱਲੂਗਾ ਵੀ ਕਿਸ ਤਰ੍ਹਾਂ ਜੋ ਕਿਹੜਾ ਕੈਂਡੀਡੇਟ ਆਉਂਦਾ। ਕਹਿੰਦੇ ਵੀ ਜੇ ਨਾਰਥ ਕੈਰੋਲੀਨਾ ਟਰੰਪ ਨਹੀਂ ਜਿੱਤ ਲੈਂਦੇ ਆ 270 ਇਲੈਕਟਰਲ ਵੋਟ ਤੱਕ ਉਹ ਪਹੁੰਚ ਸਕਦੇ ਹੈਗੇ ਆ ਬਾਈ ਕੈਰਿੰਗ ਜਾਰਜੀਆ ਤੇ ਪੈਂਸਿਲਵੇਨੀਆ। ਜਾਰਜੀਆ ਆਲਮੋਸਟ ਜਿਸ ਤਰ੍ਹਾਂ ਤੁਸੀਂ ਦੱਸੇ ਰਹੇ ਸੀ ਵੀ ਉਹ ਟਰੰਪ ਉਹਨਾਂ ਦੇ ਹੱਕ ਵਿੱਚ ਜਾ ਰਿਹਾ। ਹਜੇ ਉਹਨਾਂ ਨੇ ਕਲੀਅਰ ਤਾਂ ਨਹੀਂ ਕੀਤਾ ਪਰ ਲੱਗ ਰਿਹਾ ਵੀ ਜਾ ਰਿਹਾ ਹੈਗਾ। ਹੈਰਿਸ ਕੈਂਪੇਨ ਦੇ ਵਿੱਚ ਜਿਹੜੀ ਆਵਾਜ਼ ਪਾਰਟੀ ਤੋਂ ਲੋਕ ਜਿਹੜੇ ਘਰ ਨੂੰ ਵਾਪਸ ਨਿਰਾਸ਼ਾ ਦੇ ਵਿੱਚ ਪਰਤਦੇ ਹੋਏ ਨਜ਼ਰ ਆ ਰਹੇ ਆ। CNN ਨੂੰ ਲਾਈ ਬੈਠੇ ਸੀਗੇ। ਹੈਰਿਸ ਹੁਣਾਂ ਦੀ ਜਿਹੜੀ ਹਾਰਵਰਡ ਦੇ ਵਿੱਚ ਪਾਰਟੀ ਹੋ ਰਹੀ ਸੀ ਉੱਥੇ ਕਹਿੰਦੇ CNN ਨੂੰ ਉਹਨਾਂ ਨੇ ਕੱਟ ਕਰਕੇ ਹੁਣ ਮਿਊਜ਼ਿਕ ਜਿਹੜਾ ਉਹ ਲਾ ਦਿੱਤਾ ਸੀਗਾ ਤੇ ਲੱਗਦਾ ਆ ਵੀ ਟਰੰਪ ਰਾਸ਼ਟਰਪਤੀ ਬਣਨ ਵੱਲ ਨੂੰ ਹੌਲੀ-ਹੌਲੀ ਜਿਹੜੇ ਕਦਮ ਆ ਉਹ ਵਧਾ ਰਹੇ ਨੇ, ਉਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਹੈਗੇ ਨੇ। ਜੀ ਹਰਜੋਤ ਜੀ। ਜੀ ਬਿਲਕੁਲ, ਜਿਸ ਤੁਸੀਂ ਦੱਸਿਆ ਵੀ ਕਮਲਾ ਹੈਰਿਸ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹਨਾਂ ਨੇ ਜਿੱਥੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਇਵੈਂਟਸ ਰੱਖਿਆ ਸੀ ਉੱਥੋਂ ਉਹਨਾਂ ਨੇ ਜਾਣਾ ਸ਼ੁਰੂ ਕਰ ਦਿੱਤਾ ਹੈਗਾ ਆ। ਜਾਰਜੀਆ ਦੇ ਵਿੱਚ ਟਰੰਪ ਹੁਣੀ +2% ਤੇ ਅੱਗੇ ਚੱਲ ਰਹੇ ਹੈਗੇ ਆ। ਇੱਕ ਹੋਰ ਜਿਹੜੀ ਆ ਨਵੀਂ ਅਪਡੇਟ ਆਈ ਹੈ, ਨਵੀਆਂ ਅਪਡੇਟ ਨਾਲ ਦੀ ਨਾਲ ਆ ਰਹੀਆਂ। ਕਹਿੰਦੇ ਵੀ ਕੁਛ ਹਜ਼ਾਰ ਕੁ ਵੋਟਾਂ ਹੀ thousands of votes ਕਹਿੰਦੇ ਕੁਝ ਸਟੇਟਾਂ ਦੇ ਵਿੱਚ ਇਲੈਕਸ਼ਨ ਜੋ ਆ ਉਹ ਰਿਜ਼ਲਟਸ ਡਿਸਾਈਡ ਕਰਨੀ ਹੈ। ਜੀ ਆਪਣੇ ਨਾਲ ਜੁੜੇ ਨੇ ਰਣਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਣਜੀਤ ਜੀ। ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਦੁਬਾਰਾ ਫੇਰ ਸੌਰੀ ਤੁਹਾਨੂੰ ਅੱਜ ਗੱਲ ਕਰ ਰਹੇ ਹਾਂ। ਕੋਈ ਨਹੀਂ ਜੀ, ਜੀ ਆਇਆਂ ਜੀ। ਹਾਂਜੀ ਵੋਟ ਪਾ ਕੇ ਆਏ ਜੀ ਹੁਣੀ ਅਸੀਂ
ਇੰਨਾ ਟਾਈਮ ਲੱਗ ਗਿਆ ਜੀ ਲਾਸਟ ਦੇ ਵਿੱਚ ਵੋਟ ਪਾਉਣ ਨੂੰ? ਹਾਂਜੀ ਲਾਸਟ ਸਭ ਤੋਂ ਜ਼ਿਆਦਾ ਪਰਸੈਂਟੇਜ ਬਸ ਥੋੜਾ ਪੜ੍ਹ ਕੇ ਵੋਟ ਤੁਹਾਡੇ ਸੁਣ ਕੇ ਵਿਚਾਰ ਸਾਰੇ ਤਾਂ ਵੋਟ ਪਾ ਕੇ ਆਏ ਜੀ। ਠੀਕ ਹੈ ਜੀ, ਚਲੋ ਥੈਂਕ ਯੂ ਜੀ। ਉਵੇਂ ਕਰਕੇ ਆਏ ਜੀ ਅਸੀਂ। ਥੈਂਕ ਯੂ ਤੁਹਾਡਾ, ਬਹੁਤ ਵਧੀਆ ਪ੍ਰੋਗਰਾਮ ਹੈ ਤੇ ਤੁਹਾਨੂੰ ਪਰਮਾਤਮਾ ਬਹੁਤ ਤਰੱਕੀਆਂ ਬਖਸ਼ਣ, ਸੱਚੇ ਪਾਤਸ਼ਾਹ। ਬਾਕੀ ਮੈਂ ਸੌਰੀ ਆ, ਮੇਰਾ ਬੇਟਾ ਦੱਸਦਾ ਸੀ, ਕਹਿੰਦਾ ਮੈਂ ਸੁਣਦਾ ਸੀ ਕੋਈ ਬੰਦਾ ਮਾੜਾ ਮੋਟਾ ਨਹੀਂ ਸਾਨੂੰ ਨਹੀਂ ਕੋਈ ਬੋਲਦਾ, ਉਹ ਐਵੇਂ ਜਿੱਦਾਂ ਇੱਕ ਦੂਜੇ ਦੇ ਉਲਟ। ਸਾਨੂੰ ਕਾਹਦੇ ਬੋਲਣਾ, ਅਸੀਂ ਤਾਂ ਕਿਸੇ ਦੇ ਉਹ ਇੱਕ ਦੂਜੇ ਦੇ ਉਲਟ। ਤੁਹਾਨੂੰ ਪਤਾ ਵੀ ਜਿਹੜਾ ਸਪੋਰਟਰ ਹੁੰਦਾ ਜਿੰਦਾਬਾਦ ਮੁਰਦਾਬਾਦ, ਇੱਕ ਉਹ ਕੋਈ ਐਡੀ ਗੱਲ ਨਹੀਂ ਹੈਗੀ, ਨਹੀਂ ਕੁਝ ਨਹੀਂ ਸੀ ਜੀ ਜੀ। ਸੋ ਕੋਈ ਨਹੀਂ ਰਣਜੀਤ ਜੀ, ਕੋਈ ਟੈਨਸ਼ਨ ਨਹੀਂ ਜੀ। ਥੈਂਕ ਯੂ, ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਧੰਨਵਾਦ। ਕਹਿੰਦੇ ਬਈ ਰਾਜਕਨਵੀਰ ਸਿੰਘ, ਜਿਹੜੀ ਵਿਸਕੌਨਸਨ ਸਟੇਟ ਆ, ਹਾਂਜੀ, ਉਹਦੇ 80% ਚਾਂਸ ਬਣਦੇ ਆ ਭਈ ਡੋਨਲਡ ਟਰੰਪ ਹੁਣੀ ਫਲਿੱਪ ਕਰ ਜਾਣਗੇ। 80% ਚਾਂਸ ਹੈ। ਮਿਸ਼ੀਗਨ, ਵਿਸਕੌਨਸਨ, ਸਾਰੀਆਂ ਕੀ ਸਟੇਟਸ ਦੇ ਵਿੱਚ ਜਿਹੜਾ ਇਸ ਟਾਈਮ ਆ ਉਹ ਕਰ ਰਹੇ ਆ। ਤੇ ਇੱਥੇ ਜਿਹੜਾ ਐਨਾਲਿਸਿਸ ਜਿਹੜਾ ਹਰਜੋਤ ਸਿੰਘ ਜੀ ਇਹੀ ਕਰੀਏ ਤਾਂ ਮੇਨ ਇਹੀ ਨਜ਼ਰ ਆ ਰਿਹਾ ਆ, ਲੋਕਾਂ ਨੇ ਜਿਹੜੇ ਇਕਨੋਮੀ ਦੇ ਮੁੱਦੇ ਨੂੰ ਬਹੁਤ ਗੰਭੀਰਤਾ ਦੇ ਨਾਲ ਜਿਹੜਾ ਉਹ ਲਿਆ ਆ, ਇਮੀਗ੍ਰੇਸ਼ਨ ਦੇ ਮੁੱਦੇ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਆ। ਉਹਨਾਂ ਸਾਰਿਆਂ ਦੇ ਵਿੱਚੋਂ ਆਈ ਵੁੱਡ ਸੇ ਵੀ ਜਿਹੜਾ ਇਕਨੋਮੀ ਦਾ ਮੁੱਦਾ ਆ ਉਹ ਸਭ ਤੋਂ ਜ਼ਿਆਦਾ ਅਹਿਮ ਲੋਕਾਂ ਦੀ ਨਜ਼ਰੇ ਜਿਹੜਾ ਰਿਹਾ, ਜਿਹਦੇ ਕਰਕੇ ਆਪਾਂ ਨੂੰ ਇਹ ਸਾਰੀਆਂ ਕੁਝ ਦੇਖਣ ਨੂੰ ਮਿਲ ਰਿਹਾ ਆ। ਕਿਉਂਕਿ ਤੁਸੀਂ ਕੈਂਡੀਡੇਟ ਤਾਂ ਚਾਹੇ ਬਦਲ ਸਕਦੇ ਆ, ਪਰ ਪ੍ਰਸ਼ਾਸਨ ਦੀਆਂ ਜਿਹੜੀਆਂ ਕੀਤੀਆਂ ਕਾਰਜਕਾਰੀਆਂ ਆ ਉਹ ਲੋਕਾਂ ਨੂੰ ਨਹੀਂ ਜਿਹੜੀਆਂ ਉਹ ਭੁੱਲਦੀਆਂ ਹੈਗੀਆਂ। ਸੋ ਕੈਲੀਫੋਰਨੀਆ ਦੇ ਵਿੱਚ ਕ੍ਰਾਈਮ ਮੇਨ ਮੁੱਦਾ ਸੀ, ਸਮੈਸ਼ ਐਂਡ ਗ੍ਰੈਬ, ਚੋਰੀਆਂ ਦਾ। ਤੁਸੀਂ ਦੇਖੋ ਪ੍ਰੋਪੋਜੀਸ਼ਨ 70% ਵੋਟਾਂ ਦੇ ਨਾਲ ਉਹ ਜਿੱਤ ਰਹੀ ਹੈਗੀ ਆ, ਤੇ ਕੈਲੀਫੋਰਨੀਆ ਦਾ ਗਵਰਨਰ ਉਹਦੇ ਨਾਂ ਦੇ ਵਿੱਚ ਸੀ। ਬਹੁਤ ਸਾਰੇ ਚਰਚਸ ਜਿਹੜੇ ਆ ਜੋਸ਼ੀ ਜੀ ਜਿੱਤ ਗਈ, 36 ਤਾਂ ਜਿੱਤ ਗਈ ਜੀ, ਉਹ ਤਾਂ ਰਹਿ ਨਹੀਂ ਗਈ, ਉਹ ਹੁਣ ਜਿੱਤ ਗਈ ਆ ਜੀ, ਉਹ ਬਿਲਕੁਲ ਜੀ। ਆਪਣੇ ਨਾਲ ਜੁੜੇ ਪੈਨਸਿਲਵੇਨੀਆ ਸਟੇਟ ਦੀ ਜੇ ਗੱਲ ਕਰਦੇ ਜਾਈਏ, ਨਾਲ ਦੀ ਨਾਲ ਆਪਾਂ ਕਾਲਰ ਵੀ ਲਵਾਂਗੇ। 78% ਚਾਂਸ ਕਹਿੰਦੇ ਹੁਣ ਹੈਗੇ ਆ ਵੀ ਟਰੰਪ ਹੁਣੀ ਪੈਨਸਿਲਵੇਨੀਆ ਸਟੇਟ ਨੂੰ ਲਿਜਾ ਸਕਦੇ ਆ। 6 ਮਿਲੀਅਨ ਵੋਟਾਂ ਆਲਰੇਡੀ ਕਾਊਂਟ ਹੋ ਚੁੱਕੀਆਂ ਆ ਤੇ 78% ਚਾਂਸ ਬਣ ਰਹੇ ਆ ਪੈਨਸਿਲਵੇਨੀਆ ਦੇ ਵਿੱਚ ਜੀ। ਹਾਂਜੀ ਰਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਵੈਰੀ ਮਚ। ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ ਜੀ। ਮੈਂ ਜਿੱਦਾਂ ਕਹਿੰਦੇ ਹੁੰਦੇ ਕਿ ਪੰਜਾਬੀਆਂ ਦਾ ਬੜਾ ਯੋਗਦਾਨ ਆ, ਔਰ ਪੰਜਾਬੀਆਂ ਨੂੰ ਜੇ ਆਪਾਂ ਪੰਜਾਬੀਆਂ ਦੇ ਨਾਲ ਸਾਰੇ ਭਾਰਤ ਵਾਸੀਆਂ ਦਾ ਲਈਏ ਤਾਂ ਭਾਰਤ ਵਾਸੀਆਂ ਦਾ ਵੀ ਕਾਫੀ ਵੱਡਾ ਕਹਿ ਸਕਦੇ ਹਾਂ ਕਿ ਇੱਥੇ ਹੁਣ ਆ ਗਿਆ। ਮੈਂ ਆਈ ਯੂਜ਼ ਟੂ ਲਿਵ ਇਨ ਕੈਲੀਫੋਰਨੀਆ, ਮੈਂ ਟੈਕਸਿਸ ਮੂਵ ਕਰ ਗਿਆ ਸੀਗਾ। ਅੱਜ ਤਾਂ ਵੈਸੇ ਹੀ ਮੈਂ ਬੈਠਾ ਸੁਣ ਰਿਹਾ ਸੀ ਪ੍ਰੋਗਰਾਮ ਤੁਹਾਡੇ ਅਕੋਰਡਿੰਗਲੀ। ਮੈਂ ਭਾਜੀ ਇਹ ਜਾਣਨਾ ਚਾਹੁੰਦਾ ਹਾਂ ਕਿ ਜਿਹੜੇ ਆਪਾਂ ਡਾਇਸਪੋਰਾ ਕਹਿ ਸਕਦੇ ਹਾਂ ਜਾਂ ਚਲੋ ਪੰਜਾਬੀ ਸਾਡੀ ਕਮਿਊਨਿਟੀ ਤਾਂ ਹੈ ਹੀ ਹੈ, ਪਰ ਇਸ ਵੇਲੇ ਮੈਂ ਰਿਜ਼ਲਟ ਦੇਖ ਰਿਹਾ ਸੀਗਾ, ਸੈਨੇਟਰ ਦਾ ਵੀ ਪੂਰੀ ਫੁੱਲ ਹਾਊਸ ਲੈ ਗਿਆ ਜੀ, ਰਿਪਬਲਿਕਨਸ ਲੈ ਗਏ ਆ, ਤੇ ਜਿਹੜੇ ਆਪਣੇ ਹਾਊਸ ਆਫ ਰਿਪਰੈਜ਼ੈਂਟੇਟਿਵ ਵੀ ਉਹਨਾਂ ਦੇ ਜ਼ਿਆਦਾ ਆ, ਗਵਰਨਰ ਵੀ 27 ਹੋ ਗਏ ਆ, ਪਲੱਸ ਮੋਰ ਓਵਰ ਟਰੰਪ ਉਹਨਾਂ ਦੇ ਕਾਫੀ ਚਾਂਸਿਸ ਲੱਗ ਰਿਹਾ ਕਿ ਲੈ ਜਾਣਗੇ। ਪਰ ਮੈਂ ਚਲੋ ਆਪਾਂ ਜਿਹੜੀ ਡਿਸਕਸ਼ਨ ਤੁਹਾਡੀ ਚੱਲ ਰਹੀ ਵੀ ਕੌਣ ਕਿੱਥੇ ਕੌਣ ਜਿੱਤ ਰਿਹਾ, ਪੈਨਸਿਲਵੇਨੀਆ 'ਚ ਵੀ 1,75,000 ਨਾਲ ਅੱਗੇ ਚੱਲ ਰਹੇ ਆ, 2-3 ਸਟੇਟਾਂ ਰਹਿ ਗਈਆਂ, ਪਰ ਚਾਂਸਿਸ ਇਹਦਾ ਲੱਗ ਰਿਹਾ ਮੈਜੋਰਿਟੀ ਟਰੰਪ ਖਿੱਚ ਜਾਣਗੇ। ਮੈਂ ਇਹ ਜਾਣਨਾ ਚਾਹੁੰਦਾ ਕਿ ਤੁਹਾਡਾ ਇੰਨਾ ਤੁਸੀਂ ਡਿਸਕਸ ਕਰਦੇ ਆ ਸਾਰਾ ਹੈਗਾ ਵੀ ਤੁਹਾਨੂੰ ਕੀ ਲੱਗਦਾ ਕਿ ਟਰੰਪ ਦਾ ਸਾਨੂੰ ਕੀ ਫਾਇਦਾ ਆ ਤਾਂ ਕਮਲਾ ਹੈਰਿਸ ਦਾ ਸਾਨੂੰ ਕੀ ਫਾਇਦਾ ਆ, ਕਿਹਦੇ ਨਾਲ ਸਾਡੀ ਕਮਿਊਨਿਟੀ ਨੂੰ ਕਿੱਥੇ ਕੀ ਬੈਨੀਫਿਟ ਹੋਏਗਾ। ਪਲੱਸ ਓਵਰਆਲ ਅਮਰੀਕਾ ਨੂੰ ਦੇਖਿਆ ਜਾਵੇ ਤਾਂ ਚਲੋ ਇਕੋਨਮੀ ਦਾ ਮੁੱਦਾ ਆ, ਇਕੋਨਮੀ ਦੇ ਮੁੱਦੇ ਦੇ ਅਕੋਰਡਿੰਗਲੀ ਤਾਂ ਚਲੋ ਟਰੰਪ ਨੂੰ ਤੇ ਇਸ ਗੱਲ ਤੋਂ ਹੀ ਲੋਕ ਪਰੇਸ਼ਾਨ ਸੀਗੇ ਕਿ ਡੈਮੋਕ੍ਰੈਟ ਸੰਭਾਲ ਨਹੀਂ ਪਾਏ ਜਾਂ ਜੋ ਪਿੱਛੇ ਪੁਰਾਣੇ ਪ੍ਰੈਜ਼ੀਡੈਂਟ ਹੁਣੀ ਕੀਤਾ ਉਹਦੇ ਹਿਸਾਬ ਨਾਲ ਇਹਨਾਂ ਦੀ ਕਾਫੀ ਪਿੱਛੇ ਚੱਲ ਰਹੇ ਸੀਗੇ। ਪਰ ਸਾਡੇ ਲਈ ਜਾਂ ਸਾਡੇ ਕਮਿਊਨਿਟੀ ਲਈ ਡੋਨਲਡ ਟਰੰਪ ਦਾ ਕੀ ਯੋਗਦਾਨ ਰਹੇਗਾ ਜਾਂ ਸਾਨੂੰ ਕੀ ਬੈਨੀਫਿਟ ਹੋਏਗਾ, ਇਹ ਤੇ ਜ਼ਰੂਰ ਜਾਣਨਾ ਪਾਓ ਜੀ ਪਲੀਜ਼। ਥੈਂਕ ਯੂ ਜੀ, ਧੰਨਵਾਦ ਜੀ। ਬਿਲਕੁਲ ਆਪਾਂ ਪਹਿਲਾਂ ਡਿਸਕਸ ਵੀ ਕੀਤਾ, ਡਿਫਰੈਂਟ ਇਸ਼ੂਜ਼ ਹੈਗੇ ਆ। ਸਿੱਖਾਂ ਦੇ 2 ਮੇਨ ਇਸ਼ੂ ਹੈ ਇਸ ਵੇਲੇ, ਸਿੱਖ ਜੈਨੋਸਾਈਡ ਬਿੱਲ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ। ਉਹ ਤੋਂ ਬਾਅਦ ਫਿਰ ਜਦੋਂ ਐਜ਼ ਏ ਅਮਰੀਕਨ ਸਿਟੀਜ਼ਨ ਸਾਡੇ ਇਸ਼ੂ ਹੈਗੇ ਆ ਇਕੋਨਮੀ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਇੰਨੀ ਵੱਡੀ ਗਿਣਤੀ 'ਚ ਲੋਕ ਆਏ ਹੈਗੇ ਆ, ਜੌਬਸ ਘੱਟ ਹੈਗੀਆਂ ਆ, ਮਹਿੰਗਾਈ ਜ਼ਿਆਦਾ ਹੈਗੀ ਆ, ਗੈਸ ਦੀਆਂ ਪ੍ਰਾਈਸਿਸ ਕਿੰਨੀਆਂ ਜ਼ਿਆਦਾ ਵੱਧ ਗਈਆਂ ਆ, ਜਦੋਂ ਟਰੰਪ ਹੋਣੀ ਸੀ ਬੜੀਆਂ ਘੱਟ ਸੀਗੀਆਂ। ਸੋ ਦੂਸਰੇ ਪਾਸੇ ਕਮਲਾ ਹੈਰਿਸ ਉਹਨਾਂ ਦਾ ਜਿਹੜਾ ਬਾਈਡਨ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਆ ਉਹ ਬਹੁਤ ਹੱਕ ਦੇ ਵਿੱਚ ਸਿੱਖਾਂ ਦੇ ਖੜਿਆ, ਖਾਸ ਕਰਕੇ ਟਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਮੁੱਦੇ ਦੇ ਵਿੱਚ। ਤੇ ਬਾਕੀ ਇੱਕ ਲੜਾਈ ਝਗੜੇ ਵਾਲਾ ਵੀ ਆ, ਵਾਰਸ ਲੱਗੀਆਂ ਹੋਈਆਂ ਆ ਬ੍ਰਿਕਸ ਨੂੰ ਲੈ ਕੇ ਆ। ਬਹੁਤ ਸਾਰੇ ਲੋਕ ਇਹ ਸੋਚਦੇ ਆ ਵੀ ਨਹੀਂ ਟਰੰਪ ਮੋਦੀ ਨੂੰ ਜੱਫੀਆਂ ਪਾਊਗਾ, ਐਜ਼ ਲੌਂਗ ਐਜ਼ ਇੰਡੀਆ ਵਾਲੇ
ਬ੍ਰਿਕਸ ਨੂੰ, ਰਸ਼ੀਆ ਨੂੰ ਜੱਫੀਆਂ ਪਾਉਂਦੇ ਆ, ਤੇ ਅਮਰੀਕਾ ਕਦੇ ਵੀ ਨਹੀਂ ਉਹਨਾਂ ਦੇ ਹੱਕ ਦੇ ਵਿੱਚ ਆਊਗਾ। ਸੋ ਇਹ ਨਾਲੇ ਕੱਲੇ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸ ਚੁੱਕੇ ਆ, ਇੱਥੇ ਬੈਲੈਂਸ ਆਫ ਪਾਵਰ ਬਹੁਤ ਆ, ਕੱਲਾ ਪ੍ਰੈਜ਼ੀਡੈਂਟ ਕੁਝ ਨਹੀਂ ਕਰ ਸਕਦਾ ਹੈਗਾ। ਚਾਹੇ ਕਾਂਗਰਸ ਵੀ ਆ ਗਈ, ਕਈ ਬਿੱਲ ਪਾਸ ਕਰਨ ਨੂੰ 2/3 ਮੈਜੋਰਿਟੀ ਵੀ ਚਾਹੀਦੀ ਹੁੰਦੀ ਹੈਗੀ ਆ। ਹਾਂ, ਇਹ ਹੋ ਸਕਦਾ 1-2 ਜੱਜ ਹੋਰ ਉਦਾਂ ਦੇ, ਜੇ ਕੋਈ ਰਿਟਾਇਰ ਹੋ ਗਿਆ ਜਾਂ ਕਿਸੇ ਦੀ ਡੈਥ ਹੋ ਜਾਂਦੀ ਆ, ਜਿੱਦਾਂ ਪਿਛਲੀ ਵਾਰੀ 3 ਜੱਜ ਲਾ ਗਿਆ ਸੀ ਟਰੰਪ ਹੋਣੀ, ਸੋ ਉਹ ਫਿਰ ਡਿਸੀਜਨ ਉਹਨੇ ਉਦਾਂ ਦੇ ਜਿਹੜੇ ਸਖਤ ਲਏ ਹੈਗੇ ਆ। ਸੋ ਕਈ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ। ਅਥਾਰਟੀਰੀਅਨਸ ਦੇ ਲਈ ਬਿਲਕੁਲ ਹਰਜੋਤ ਸਿੰਘ ਜੀ, ਉਦਾਂ ਜੇ ਅਥਾਰਟੀਰੀਅਨਸ ਦੇ ਲਈ ਸੌਫਟ ਕਾਰਨਰ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਹੜੇ ਆ ਟਰੰਪ ਹੋਣਾ ਦਾ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਉਹ ਕਿੱਦਾਂ ਓਵਰਆਲ ਹੁੰਦਾ ਆ, ਕਿਉਂਕਿ ਜਿਹੜੇ ਬ੍ਰਿਕਸ ਵਾਲੇ ਵੀ ਆ, ਜਿਹੜੀ ਤੁਸੀਂ ਗੱਲ ਕੀਤੀ, ਉਹਦੇ ਵਿੱਚ ਮੋਸਟਲੀ ਸਾਰੇ ਜਿਹੜੇ ਅਥਾਰਟੀਰੀਅਨ ਇਕੱਠੇ ਜਿਹੜੇ ਉਹ ਹੋਏ ਆ, ਨਿਊਕਸ ਨੂੰ ਲੈ ਕੇ ਇਹ ਚੀਜ਼ ਆ। ਪਰ ਦੂਜੇ ਨਾਲ ਦੇ ਨਾਲ ਪੈਰਲਲੀ ਇਹ ਵੀ ਦੇਖਣ ਵਾਲੀ ਗੱਲ ਆ ਵੀ ਜਿਹੜੇ ਬਾਈਡਨ ਹੁਣੀ ਇਜ਼ਰਾਈਲ ਨੂੰ ਕਹਿੰਦੇ ਥੱਕ ਗਏ, ਉਹਨਾਂ ਦੀ ਪ੍ਰੈਜ਼ੀਡੈਂਸੀ ਖਤਮ ਹੋਣ ਤੇ ਜਿਹੜੀ ਉਹ ਆ ਗਈ ਆ, ਪਰ ਉਹ ਗੱਲ ਨਹੀਂ ਜਿਹੜੀ ਉਹਨਾਂ ਦੀ ਮੰਨ ਰਹੀ ਸੀ। ਅੰਦਰ ਖਾਤੇ ਭਾਵੇਂ ਉਹਨਾਂ ਦੀ ਪੂਰੀ ਸਪੋਰਟ ਕਰ ਰਹੇ ਸੀ, ਪਰ ਪਬਲਿਕਲੀ ਉਹਨਾਂ ਨੇ ਬਹੁਤ ਕੁਝ ਜਿਹੜਾ ਉਹਨਾਂ ਨੂੰ ਕਿਹਾ, ਤੁਸੀਂ ਨਾ ਕਰੋ, ਤੁਸੀਂ ਇੱਦਾਂ ਨਾ ਕਰੋ, ਤੁਸੀਂ ਆਹ ਕਰੋ, ਪਰ ਉਹਨਾਂ ਨੇ ਇੱਕ ਵੀ ਜਿਹੜੀ ਉਹਨਾਂ ਦੀ ਜਿਹੜੀ ਉਹ ਸੁਣੀ ਨਹੀਂ ਸੀਗੀ। ਸੋ ਬਹੁਤ ਸਾਰੇ ਜਿਹੜੇ ਉਹ ਮੁੱਦੇ ਆ, ਇਹ ਹੁਣ ਵੇਟ ਐਂਡ ਵਾਚ ਕਰਕੇ ਹੀ ਜਿਹੜਾ ਉਹ ਦੇਖਣਾ ਪਊਗਾ ਵੀ ਕਿਸ ਤਰੀਕੇ ਦੇ ਨਾਲ ਹੁੰਦਾ। ਕੀ ਜਿਹੜੀਆਂ ਇਹ ਪਾਲਿਸੀਜ਼ ਬਾਈਡਨ ਪ੍ਰਸ਼ਾਸਨ ਨੇ ਖਾਸ ਕਰਕੇ ਇੰਡੀਆ ਨੂੰ ਲੈ ਕੇ ਚਲਾਈਆਂ ਸੀਗੀਆਂ, ਇੰਡੀਆ ਦੇ ਉੱਤੇ ਜਿਹੜੀ ਸਖਤੀ ਰੱਖੀ ਸੀਗੀ, ਕੀ ਇਹ ਇਦਾਂ ਕਰਨਗੇ ਜਾਂ ਮੋਦੀ ਨੂੰ ਲੈ ਕੇ, ਕਿਉਂਕਿ ਦੀਵਾਲੀ ਦੇ ਉੱਤੇ ਉਹਨਾਂ ਨੇ ਜਿਹੜਾ ਸੰਦੇਸ਼ ਦਿੱਤਾ ਉਹ ਮੋਦੀ ਨੂੰ ਲੁਭਾਉਣ ਵਾਲਾ ਹੀ ਸੀਗਾ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਉਹ ਓਵਰਆਲ ਕਿੱਦਾਂ ਜਿਹੜਾ ਰਹੇਗਾ, ਇਹ ਜਿਹੜੀ ਜ਼ਰੂਰ ਵਿਚਾਰਨ ਵਾਲੀ ਗੱਲ ਆ। ਬਾਕੀ ਇਹ ਨਾਲ ਦੱਸਦੇ ਜਾਈਏ, ਜਦੋਂ ਇਲੈਕਸ਼ਨ ਹੋ ਜਾਂਦਾ, ਅੱਜ ਜੇ ਰਿਜ਼ਲਟ ਆ ਜਾਂਦੇ ਜਾਂ ਕੱਲ ਨੂੰ ਆਉਂਦੇ, ਜਦੋਂ ਵੀ ਆਉਂਦੇ ਆ, ਅਗਲੇ ਰਾਸ਼ਟਰਪਤੀ ਨੇ ਸਹੁੰ ਜਿਹੜੀ ਆ ਉਹ 20 ਜਨਵਰੀ ਨੂੰ ਚੱਕਣੀ ਆ। ਨਵੰਬਰ ਦਾ ਮਹੀਨਾ ਚੱਲ ਰਿਹਾ, ਫਿਰ ਦਸੰਬਰ ਆਉਣੀ ਆ, ਫਿਰ ਜਾ ਕੇ ਜਨਵਰੀ ਜਿਹੜੀ ਆਉਣੀ ਆ। ਇਹ ਟ੍ਰਾਂਜੀਸ਼ਨ ਇਸ ਦੇ ਵਿੱਚ ਜਿਹੜੀ ਉਹ ਆਉਣੀ ਹੈਗੀ ਆ। ਸੋ ਟ੍ਰਾਂਜੀਸ਼ਨ ਕਰਦਿਆਂ ਕਈ ਕੁਛ ਜਿਹੜਾ ਹੋਣਾ, ਜਾਂਦੇ ਜਾਂਦੇ ਉਹਨਾਂ ਨੇ ਕੋਈ ਬਿੱਲ ਪਾਸ ਕਰਨ ਦੀ ਗੱਲ ਕਰਨੀ ਆ, ਕੁਛ ਜਿਹੜੀ ਉਹ ਰੱਖਣ ਦੀ ਜਿਹੜੀ ਉਹਨਾਂ ਨੇ ਗੱਲ ਕਰਨੀ ਆ। ਸੋ ਜਾਂਦੇ ਜਾਂਦੇ ਬਾਈਡਨ ਆਪਣਾ ਜਿਹੜਾ ਉਹ ਕੀ ਦਰਸਾ ਕੇ ਜਾਣਗੇ, ਕੀ ਕਰਕੇ ਜਾਣਗੇ, ਇਹ ਦੇਖਣ ਵਾਲੀ ਗੱਲ ਆ। ਪਰ ਐਜ਼ ਏ ਸਿੱਖ ਕਮਿਊਨਿਟੀ, ਐਜ਼ ਏ ਪੰਜਾਬੀ ਕਮਿਊਨਿਟੀ, ਆਪਾਂ ਨੂੰ ਜਿਹੜਾ ਵੀ ਰਾਸ਼ਟਰਪਤੀ ਆਉਂਦਾ ਆ, ਉਹਦੇ ਤੇ ਪ੍ਰੈਸ਼ਰ ਜਿਹੜਾ ਹਮੇਸ਼ਾ ਪਾ ਕੇ ਰੱਖਣਾ ਪੈਣਾ ਆ ਵੀ ਭਾਈ ਸਾਡੇ ਜਿਹੜੇ ਆ ਇਸ਼ੂਜ਼ ਆ, ਇਹਨਾਂ ਨੂੰ ਤੁਸੀਂ ਭੁੱਲਿਓ ਨਾ। ਈਵਨ ਦੋ ਜਿਹੜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਤੇ ਜਿਹੜਾ ਸਿੱਖ ਜੈਨੋਸਾਈਡ ਦਾ ਬਿੱਲ, ਜਿਹੜੀ ਇਸ ਕਾਂਗਰਸ ਦੇ ਵਿੱਚ ਆਲਰੇਡੀ ਪੇਸ਼ ਹੋਏ ਆ, ਉਹਨਾਂ ਨੂੰ ਆਪਾਂ ਚਾਹੁੰਦੇ ਆ ਵੀ ਇਸੇ ਹੀ ਕਾਂਗਰਸ ਦੇ ਵਿੱਚ ਨਾਲ ਦੇ ਨਾਲ ਜਿਹੜਾ ਉਹ ਪਾਸ ਹੋ ਜਾਵੇ। ਕਿਉਂਕਿ ਜਦੋਂ ਬਿੱਲ ਵਾਲਾ ਜਿਹੜਾ ਜੇ ਉਹ ਚੇਂਜ ਹੋ ਜਾਂਦਾ ਆ ਜਾਂ ਉਹ ਹਾਰ ਜਾਂਦਾ ਜਾਂ ਮੁੜ ਤੋਂ ਨਾ ਲਿਆਉਣਾ ਪਵੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਦੇਖਣ ਦੀ ਲੋੜ ਆ। ਸੋ ਉਸ ਦੇ ਉੱਤੇ ਆਪਾਂ ਨੂੰ ਹਾਲ ਦੀ ਘੜੀ ਨਾਲ ਦੇ ਨਾਲ ਫੋਕਸ ਕਰਨਾ ਚਾਹੀਦਾ ਹੈ। ਥੈਂਕ ਯੂ ਰਵਿੰਦਰ ਜੀ, ਤੁਹਾਡੀ ਜਿਹੜਾ ਉਹ ਕਾਲ ਦੇ ਲਈ। ਆਪਣੇ ਅਗਲੇ ਕਾਲਰ ਹਰਜੋਤ ਜੀ ਜੁੜੇ ਨੇ, ਬਿੰਦਰਤੂਰ ਜੀ। ਜੀ ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਭਾਜੀ। ਨਵੀਰਾਂ ਨੂੰ ਸਤਿ ਸ੍ਰੀ ਅਕਾਲ। ਚੰਦ ਚੜਿਆ ਪਿਆ ਜੀ, ਤੇ ਐਡੀ ਵੱਡੀ VOTING ਹੋਣ ਡਈ ਆ, ਤੇ ਨੀਂਦ ਆਉਣ ਦਾ ਚਾਂਸ ਨਹੀਂ ਚਾਹੀਦਾ ਕੋਈ ਵੀ। ਸਹੀ ਗੱਲ ਆ ਜੀ। ਹਾਂਜੀ, ਅੱਜ ਤਾਂ ਸਾਰੀ ਦੁਨੀਆ ਦੀਆਂ ਨਿਗਾਹ ਇੱਧਰ ਨੂੰ ਟਿਕੀਆਂ ਹੋਈਆਂ। ਤੇ ਦੂਸਰੀ ਗੱਲ ਇਹ ਆ ਵੀ ਸਾਨੂੰ ਵੀ ਇੱਥੇ 35-36 ਸਾਲ ਹੋ ਗਏ ਰਹਿੰਦਿਆਂ ਨੂੰ, ਆ ਥੋੜਾ ਜਿਹਾ ਸਮਝਾਇਓ ਜੇ ਵੀ ਜੇ ਸਾਰੀਆਂ ਵੋਟਾਂ ਗਿਣਨੀਆਂ, ਫਿਰ ਸੱਤਾਂ ਜਿਹੜੀਆਂ ਕਾਉਂਟੀਆਂ ਦੀਆਂ ਵੋਟਾਂ, ਇਲੈਕਟੋਰਲ ਵੋਟਾਂ ਜਿਨ੍ਹਾਂ ਨੂੰ ਕਹਿੰਦੇ ਆ, ਕਿ ਉਹਨਾਂ ਦਾ ਕੀ ਥੋੜਾ ਜਿਹਾ ਡਿਫਰੈਂਸ ਹੁੰਦਾ ਵਾ, ਥੋੜਾ ਇਹਦੇ ਬਾਰੇ ਥੋੜਾ ਚਾਨਣਾ ਪਾਇਓ ਜੀ। ਠੀਕ ਹੈ ਜੀ। ਕਾਉਂਟੀਜ਼ ਨਹੀਂ ਪਹਿਲੀ ਗੱਲ, ਉਹ ਸਟੇਟਸ ਨੇ, ਤੇ ਉਹ ਵੀ ਆਪਾਂ ਤੁਹਾਨੂੰ ਇਲੈਕਟੋਰਲ ਕਾਲਜ ਦਾ ਵੀ ਥੋੜਾ ਜਿਹਾ ਸਮਝਾ ਦਿੰਦੇ ਆ, ਜ਼ਰੂਰ ਸਮਝਾਉਂਦੇ ਆ। ਹਾਂ, ਵੀ ਉਹ ਸੱਤਾਂ ਦੇ ਜਿਹੜਾ ਜਿੱਤ ਜਾਵੇ ਕਹਿੰਦੇ ਉਹ ਜਿੱਤ ਜਾਂਦਾ, ਤੇ ਫਿਰ ਬਾਕੀ ਗਿਣਨ ਦੀ ਕੀ ਲੋੜ ਹੁੰਦੀ ਹੈ? ਨਹੀਂ, ਏਦਾਂ ਨਹੀਂ ਹੁੰਦਾ। ਇੱਥੇ ਥੋੜਾ ਸਮਝਾਇਓ ਜੀ। ਠੀਕ ਹੈ ਜੀ, ਠੀਕ ਹੈ, ਜ਼ਰੂਰ ਸਮਝਾਉਂਦੇ। ਇਹ ਸਿਸਟਮ ਬਹੁਤ ਵਧੀਆ ਬਣਾਇਆ ਹੈ ਜਿੱਥੇ ਹਰ ਇੱਕ ਬੰਦੇ ਦੀ ਆਵਾਜ਼ ਜਿਹੜੀ ਹੈ ਉਹ ਸੁਣੀ ਜਾਵੇ। ਉਹਦੇ ਵਿੱਚ ਏਦਾਂ ਜੀ, ਦੇਖੋ ਕੁੱਲ 500 ਜਿਹੜੀਆਂ ਹੈਗੀਆਂ ਨੇ 30 ਤੇ 500 ਹਾਂਜੀ 535 ਸੌਰੀ, ਕਿਸੇ ਦੀ ਵੀ ਨਹੀਂ ਆਪਾਂ ਮੰਨਣੀ, ਤੇ ਉਹਦੇ ਵਿੱਚ ਤੇ 535 ਨੇ, ਤੇ 270 ਵਾਲਾ ਜਿਹੜਾ ਜੀ ਜਿੱਤਦਾ ਆ, ਜਿਹਦੇ ਕੋਲ 270 ਜਿਹੜੀਆਂ ਆ ਜਾਂਦੀਆਂ। ਹਰ ਇੱਕ ਸੂਬੇ ਦਾ ਵੇਟ ਆ, ਹਰ ਇੱਕ ਸੂਬੇ ਦੀ ਆਪੋ ਆਪਣੀ ਇਲੈਕਟਰਲ ਵੋਟ ਆ। ਜਿੱਦਾਂ ਕੈਲੀਫੋਰਨੀਆ ਦੀ 54 ਆ, ਔਰੇਗਨ ਦੀ ਜਿਹੜੀਆਂ 8 ਨੇ, ਵਾਸ਼ਿੰਗਟਨ ਦੀਆਂ ਜਿਹੜੀਆਂ ਉਹ 10 ਨੇ, ਟੈਕਸਸ ਦੀਆਂ 40 ਨੇ, 30 ਨੇ ਜਿਹੜੀਆਂ ਫਲੋਰੀਡਾ ਦੀਆਂ। ਸੋ ਜਿਹੜਾ ਕੈਂਡੀਡੇਟ ਜਿਹੜੇ ਸਟੇਟ ਨੂੰ ਜਿੱਤੀ ਜਾਂਦਾ, ਉਹ ਨੰਬਰ ਜਿਹੜੇ ਉਹਨਾਂ ਦੇ ਨਾਲ ਐਡ ਹੁੰਦਾ ਜਾਂਦਾ ਆ। ਬਹੁਤ ਸਾਰੀਆਂ ਸਟੇਟਸ ਪੱਕੀਆਂ ਨੇ, ਜਿੱਦਾਂ ਕਹਿ ਦਿੰਦੇ ਨਾ ਵੀ ਕੱਟੜ ਅਕਾਲੀ ਜਾਂ ਕੱਟੜ ਕਾਂਗਰਸੀ ਜਾਂ ਕੱਟੜ ਆਮ ਆਦਮੀ ਪਾਰਟੀ ਵਾਲੇ ਆ, ਵੀ ਕੁਛ ਜਿਹੜੇ ਸੂਬੇ ਆ। ਸੋ ਉਸੇ ਤਰੀਕੇ ਨਾਲ ਕਈ ਜਿਹੜੇ ਸੂਬੇ ਉਹ ਕੱਟੜ ਡੈਮੋਕ੍ਰੇਟ ਦੇ ਤੇ ਕੱਟੜ ਜਿਹੜੇ ਰਿਪਬਲਿਕਨ ਨੇ,
ਉਹ ਕੁੱਲ ਮਿਲਾ ਕੇ ਅੱਧ ਪਚੱਧਾ ਜਿਹੜਾ ਉਹ ਬਣ ਜਾਂਦਾ। ਤੇ ਜਿਹੜੀਆਂ 7-8 ਸਟੇਟਾਂ ਆ, ਇੱਥੇ ਵੋਟਰ ਜਿਹੜੇ ਆ ਉਹ ਕਦੀ ਖੱਬੇ ਪਾਸੇ ਜਾ ਪੈਂਦੇ ਆ, ਕਦੀ ਸੱਜੇ ਪਾਸੇ ਜਾ ਪੈਂਦੇ ਆ, ਤੇ ਉਹੀ ਜਿਹੜੇ ਆંકੜੇ ਦਾ ਅੱਗੇ ਪਿੱਛੇ ਜਿਹੜਾ ਹੋ ਜਾਂਦਾ, ਤੇ ਜਿਹੜਾ 270 ਨੂੰ ਪਾਰ ਕਰ ਜਾਂਦਾ ਆ ਉਹਦੇ ਫਿਰ ਜਿਹੜੇ ਜੀ ਵਾਰੇ ਨਿਆਰੇ ਹੋ ਜਾਂਦੇ ਆ। ਸੋ ਇਸ ਤਰੀਕੇ ਦੇ ਨਾਲ ਇਲੈਕਟਰਲ ਜਿਹੜਾ ਕਾਲਜ ਆ ਉਹ ਕੰਮ ਕਰਦਾ ਹੈਗਾ ਆ ਜੀ। ਇਸ ਵਾਰੀ ਵੋਟਾਂ ਪਈਆਂ ਬਹੁਤ ਆ, ਹੁਣ ਤੱਕ ਜਿੰਨੀਆਂ ਕਾਊਂਟ ਹੋ ਚੁੱਕੀਆਂ, ਟਰੰਪ ਹੁਣੀ 65 ਮਿਲੀਅਨ ਦੇ ਕਰੀਬ ਵੋਟਾਂ ਜਿਹੜੇ ਲਿਜਾ ਚੁੱਕੇ ਆ, ਤੇ ਕਮਲਾ ਹੈਰਿਸ ਹੁਣੀ 60 ਮਿਲੀਅਨ ਦੇ ਕਰੀਬ ਜਿਹੜੀਆਂ ਵੋਟਾਂ ਆ ਉਹ ਲਿਜਾ ਚੁੱਕੇ ਆ। ਸੋ 125 ਮਿਲੀਅਨ ਵੋਟਾਂ ਆਲਰੇਡੀ ਕਾਊਂਟ ਹੋ ਚੁੱਕੀਆਂ ਹੈਗੀਆਂ। 150 ਹਰਜੋਤ ਸਿੰਘ ਜੀ ਸੀਗੇ ਕੁੱਲ ਜਿਹੜੇ ਐਲੀਜੀਬਲ ਵੋਟਰ ਅਮਰੀਕਾ ਦੇ ਵਿੱਚ। ਸੋ ਜੇ ਉਹਦੇ ਵਿੱਚੋਂ 125 ਨੇ ਵੋਟਾਂ ਪਾਈਆਂ, ਫਿਰ ਬਹੁਤ ਵੱਡਾ ਜਿਹੜਾ ਗੁੱਡ ਨੰਬਰ ਜਿਹੜਾ ਓਵਰਆਲ ਰਿਹਾ ਹੈਗਾ। ਅਜੇ ਤਾਂ ਮੈਨੂੰ ਲੱਗਦਾ 4-5 ਮਿਲੀਅਨ ਹੋਰ ਨਿਕਲ ਆਣੀਆਂ, ਕਿਉਂਕਿ ਅਜੇ ਕੈਲੀਫੋਰਨੀਆ ਦੀਆਂ ਬਹੁਤ ਕਾਊਂਟ ਹੋ ਰਹੀਆਂ ਹੈਗੀਆਂ ਜੀ। ਬਿਲਕੁਲ, ਮੇ ਵੀ ਜ਼ਿਆਦਾ ਨਿਕਲੇ ਹਨ। ਇੰਦਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ, ਤੇ ਸਾਰੇ ਸਮੁੱਚੀ ਟੀਮ ਨੂੰ, US ਪੰਜਾਬੀ ਰੇਡੀਓ ਦੀ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਸਾਨੂੰ ਸਾਡੇ ਕੰਨਾਂ ਤੇ ਪਹੁੰਚਾ ਰਹੇ ਨੇ ਖਬਰਾਂ ਵਧੀਆ ਵਧੀਆ। ਤੇ ਮੈਂ ਇਹ ਗੱਲ ਕਰਨਾ ਚਾਹੁੰਦਾ ਸੀ ਵੀ ਡੈਮੋਕ੍ਰੇਟ ਜਿਹੜੀ ਆਪਣੇ ਕੈਲੀਫੋਰਨੀਆ ਹੈਗੀ ਆ, ਇਹ ਕਿੱਧਰ ਨੂੰ ਝੁਕ ਰਹੀ ਹੈ, ਤੇ ਇਹਦੇ ਵਿੱਚੋਂ ਮੈਨੂੰ ਲੱਗਦਾ ਵੀ ਕਿਤੇ ਰਿਪਬਲਿਕਨ ਤਾਂ ਨਹੀਂ ਆ ਜੂਗੀ, ਗਵਾ ਤਾਂ ਨਹੀਂ ਬੈਠਣਗੇ ਅਕਾਲੀ ਵਾਂਗੂ ਕਿਤੇ। ਨਹੀਂ ਅਜੇ ਨਹੀਂ, ਅਜੇ ਤਾਂ ਨਹੀਂ ਲੱਗਦਾ ਕੋਈ ਚਾਂਸ ਜੀ। ਅੱਛਾ ਜੀ, ਠੀਕ ਆ, ਬਹੁਤ ਵਧੀਆ, ਥੈਂਕ ਯੂ ਸਮੁੱਚੀ ਟੀਮ ਦਾ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ। ਸੋ ਨਵਾਡਾ ਦੇ ਰਿਜ਼ਲਟ ਥੋੜੇ ਆਣੇ ਸ਼ੁਰੂ ਹੋ ਗਏ ਆ। 6 ਇਲੈਕਟਰਲ ਵੋਟਸ ਹੈਗੀਆਂ ਨਵਾਡਾ ਦੀਆਂ, 6% ਵੋਟਾਂ ਕਾਊਂਟ ਹੋਈਆਂ, ਤੇ ਡੋਨਲਡ ਟਰੰਪ ਉਹਨਾਂ ਦੇ ਕੋਲ 54,096 ਤੇ ਕਮਲਾ ਹੈਰਿਸ ਦੇ ਕੋਲ 20,302, ਕਿਉਂਕਿ ਹਜੇ 6% ਹੀ ਹੋਈਆਂ। ਇਹ ਦੇਖਦੇ ਆ, ਕਿਉਂਕਿ ਨਵਾਡਾ ਵੀ ਜਿਹੜੀ ਆ ਇਹ ਵੀ ਬੜੀ ਕ੍ਰੂਸ਼ੀਅਲ ਸਟੇਟ ਇਸ ਟਾਈਮ ਹੈਗੀ ਜੀ। ਬਿਲਕੁਲ, ਸੋ ਇਦਾਂ ਹੀ ਆ ਜੀ, 6-6 ਕਰਕੇ 4-4 ਕਰਕੇ 3-3 ਕਰਕੇ ਜਿਹੜਾ ਉਹ ਵੱਧਦਾ ਆ, ਇਹ ਕੰਮ ਹੈਗਾ ਆ ਜੀ। ਹਾਂਜੀ, ਆਪਣੇ ਨਾਲ ਜੈਕ ਸਿੰਘ ਇੱਕ ਵਾਰੀ ਫਿਰ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਭਾਜੀ ਜੀ। ਤੇ ਭਾਜੀ ਮੇਰਾ ਥੋੜਾ ਜਿਹਾ ਇੱਕ ਜਿੱਦਾਂ ਮੈਂ US ਵੋਟਰ ਤੇ ਨਹੀਂ ਹੈਗਾ, ਪਰ ਮੇਰਾ ਛੋਟਾ ਜਿਹਾ ਇੱਕ ਓਪੀਨੀਅਨ ਸੀ, ਤੇ ਮੈਂ ਜਿੰਨਾ ਕੁ ਅੱਜ ਐਨਾਲਾਈਜ਼ ਕੀਤਾ ਸਾਰੀ ਕਨਵਰਸੇਸ਼ਨ ਨੂੰ, ਜਿੰਨੇ ਆਪਣੇ ਭਰਾ ਜਾਂ ਭੈਣਾਂ ਆਪਣੇ ਜਿਨ੍ਹਾਂ ਨੇ ਵੀ ਕਾਲ ਕੀਤੀ, ਉਹਨਾਂ ਦਾ ਸਾਰਾ ਇਹੀ ਸੀਗਾ ਮੁੱਦਾ, ਮੱਕੇ ਲੋਕਲ ਪੋਲਿਟਿਕਸ, ਇਨਫਲੇਸ਼ਨ, ਜੋਬਾਂ, ਇਮੀਗ੍ਰੇਸ਼ਨ। ਪਰ ਮੈਂ ਐਜ਼ ਅ ਬੀਇੰਗ ਸਿੱਖ ਮੈਨੂੰ ਇੰਨਾ ਜ਼ਰੂਰ ਹੁੰਦਾ, whether I'm not participating in US election, I can't because I'm not the citizen, ਇੰਨਾ ਕਿ ਜ਼ਰੂਰ ਹੈਗਾ ਕਿ ਜਿਹੜੀ ਸਾਡੀ ਨਸਲ ਖੁਸ਼ੀ ਹੋਈ ਆ, ਸਾਨੂੰ ਸਿੱਖਾਂ ਨੂੰ ਆਈ ਥਿੰਕ ਉਹਦੇ ਨਾਲ ਜ਼ਿਆਦਾ ਫੋਕਸ ਕਰਨਾ ਚਾਹੀਦਾ ਸੀ, ਤੇ ਸਾਡੇ ਤੇ ਕੀ ਅਸਰ ਹੋਣਗੇ, ਕਿਉਂਕਿ ਅਸੀਂ ਆਪਣਾ ਬਹੁਤ ਕੁਝ ਗਵਾ ਚੁੱਕੇ ਆ, ਹੈ ਨਾ। ਉਹ ਹਕੂਮਤਾਂ ਦੇ ਮੋਹਰੇ ਸਾਡੇ ਨਾਲ ਬਹੁਤ ਧੱਕੇਸ਼ਾਹੀਆਂ ਹੋਈਆਂ। ਪਰ ਮੈਂ ਸੋਚਦਾ ਨਾ ਪਰਸਨਲੀ ਕਿ ਜੇ ਮੇਰੇ ਘਰ ਦਾ ਮੋਰਗੇਜ 30 ਸਾਲਾਂ ਚ ਉਤਰਨਾ, ਹੋ ਸਕਦਾ ਕਿ 32 ਜਾਂ 35 ਚ ਉਤਰ ਜੂਗਾ, ਜੇ ਮੇਰੇ ਫੇਵਰ ਦੀ ਗੱਲ ਨਹੀਂ ਹੁੰਦੀ ਪੋਲਿਟਿਕਸ ਦੇ ਵਿੱਚ। ਪਰ ਜਿਹੜਾ ਮੇਰਾ ਮੇਨ ਮੁੱਦਾ ਹੋਊਗਾ, ਮੈਂ ਉਹਦਾ ਆਪਣੇ ਭੈਣਾਂ ਭਰਾਵਾਂ ਨਾਲ ਆਪਣੇ ਓਪੀਨੀਅਨ ਸ਼ੇਅਰ ਕਰਦਾ ਕਿ ਮੇਰਾ ਇਹ ਹੋਊਗਾ ਕਿ ਮੇਰੀ ਕੌਮ ਦਾ ਕੀ ਬਣਦਾ, ਕਿਉਂਕਿ ਅਸੀਂ ਬੇਘਰੇ ਲੋਕ ਆ, ਸਾਡੇ ਕੋਲ ਆਪਣਾ ਘਰ ਨਹੀਂ, ਹੈ ਨਾ। ਤੇ ਸੱਚੇ ਪਾਤਸ਼ਾਹ ਦੀ ਮਿਹਰ ਆ, ਸਿੱਖਾਂ ਤੇ ਸਾਨੂੰ ਪੈਸਾ ਵੀ ਦਿੱਤਾ, ਸਭ ਕੁਝ ਦਿੱਤਾ, ਪਰ ਓਦਾਂ ਮੇਰਾ ਜਿੱਦਾਂ ਇੱਕ ਛੋਟਾ ਜਿਹਾ ਓਪੀਨੀਅਨ ਸੀ ਸਾਰਿਆਂ ਵੀਰਾਂ ਵਾਸਤੇ, ਕਿ ਮੈਂ ਇੰਨਾ ਬਹੁਤ ਦੇਖਿਆ ਕਿ ਲੋਕਾਂ ਦੇ ਵਿੱਚ ਇੰਨਾ ਆ ਗਿਆ, ਆਪਣੇ ਸਾਰਿਆਂ ਵੀਰਾਂ ਦੇ ਵਿੱਚ ਜਾਂ ਭੈਣਾਂ ਵਿੱਚ, ਮੈਂ ਹੋ ਸਕਦਾ ਗਲਤ ਹੋਵਾਂ, ਕਿ ਜਿੱਦਾਂ ਉਹਨਾਂ ਨੂੰ ਇਨਫਲੇਸ਼ਨ ਹੀ ਬਹੁਤ ਜ਼ਿਆਦਾ ਇੱਕ ਵੱਡਾ ਮੁੱਦਾ ਲੱਗਦਾ। ਜਿਹੜੀਆਂ ਆਪਣੀਆਂ ਸ਼ਹੀਦੀਆਂ ਹੋਈਆਂ 84 ਤੋਂ ਲੈ ਕੇ ਹੁਣ ਤੱਕ, ਮੈਨੂੰ ਲੱਗਦਾ ਉਹਨਾਂ ਨੇ ਜੀ ਨਹੀਂ ਬਿਲਕੁਲ ਜੈਕ ਸਿੰਘ ਜੀ। ਦੇਖੋ, ਅਸੀਂ ਵਾਰ-ਵਾਰ ਜਿਹੜੇ ਸਿੱਖਾਂ ਦੇ ਦੋ ਮੇਨ ਮੁੱਦੇ ਆ ਉਹਦੇ ਤੇ ਗੱਲ ਕਰਦੇ ਰਹੇ ਆ, ਸਿੱਖ ਜੈਨੋਸਾਈਡ ਦੇ ਉੱਤੇ ਤੇ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ। ਇਦਾਂ ਨਹੀਂ ਹੁੰਦਾ, ਕਈ ਅਜੇ ਵੀ ਸ਼ੱਕ ਕਰਦੇ ਆ ਵੀ ਸ਼ਾਇਦ ਟਰੰਪ ਹੁਣੀ ਇੰਡੀਆ ਦਾ ਬਹੁਤ ਸਾਥ ਦੇਣਗੇ। ਇੱਥੇ ਫਰੀडम ਕਾਕਸ ਆ, ਫਰੀडम ਕਾਕਸ ਦੇ ਵਿੱਚ ਜਿਹੜੇ ਰਿਪਬਲਿਕਨ ਵੀ, ਡੈਮੋਕ੍ਰੇਟਸ ਵੀ, ਐਕਸ CIA ਦੇ ਬੰਦੇ, ਐਕਸ FBI ਦੇ ਬੰਦੇ, ਜੋ ਅਮਰੀਕਾ ਦੀ ਪਾਲਿਸੀ ਹੈ ਨਹੀਂ ਉਹਨੂੰ ਬਣਾਉਂਦੇ ਹੈਗੇ ਆ। ਠੀਕ ਆ, ਪ੍ਰੈਜ਼ੀਡੈਂਟ ਦਾ ਕੁਝ ਆਪਣੇ ਵੀ ਵਿਚਾਰ ਹੁੰਦੇ ਆ, ਪਰ ਉਹ ਕੀ ਪਾਲਿਸੀ ਚੱਲਣੀ ਆ ਉਹਦੇ ਵਿੱਚ ਸਿੱਖਾਂ ਬਾਰੇ ਬਹੁਤ ਕੁਝ ਪਤਾ ਆ। ਪਿਛਲੇ 7-8 ਮਹੀਨਿਆਂ ਦੇ ਵਿੱਚ ਜੋ ਕੁਝ ਸਿੱਖਾਂ ਦੇ ਨਾਲ ਧੱਕਾ ਹੋਇਆ, ਉਹ ਸਾਰਾ ਕੁਝ ਫਰੀडम ਕਾਕਸ ਦੇ ਵਿੱਚ ਡਿਸਕਸ ਹੋਇਆ ਆ। ਪਈ ਰਸ਼ੀਆ, ਇਰਾਕ, ਈਰਾਨ, ਟਰਕੀ, ਚਾਈਨਾ, ਇਹਨਾਂ ਤੋਂ ਬਿਨਾਂ ਜਿਹੜਾ ਇੰਡੀਆ ਆ, ਉਹ ਵੀ ਉਦਾਂ ਦਾ ਹੀ ਮੁਲਕ ਆ ਜਿਹੜਾ ਜਿਹੜੇ ਉਹਨਾਂ ਦੇ ਅਗੇਂਸਟ ਡਿਸੈਂਟ ਕਰਦੇ ਆ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ। ਸੋ ਦੇਖਦੇ ਆ, ਨਹੀਂ ਪਤਾ ਤਾਂ ਸਾਰਿਆਂ ਨੂੰ ਹੈਗਾ ਆ, ਇਦਾਂ ਦੀ ਕੋਈ ਗੱਲ ਨਹੀਂ ਹੈ, ਬਾਕੀ ਆਪਾਂ ਜ਼ਰੂਰ ਅਵੇਅਰ ਕਰੀ ਜਾਂਦੇ ਆ ਜੀ। ਥੈਂਕਸ ਭਾਜੀ, ਤੁਹਾਡਾ ਸਾਰਿਆਂ ਦਾ ਚੜ੍ਹਦੀ ਕਲਾ। ਥੈਂਕ ਯੂ, ਬਾਏ ਭਾਜੀ, ਧੰਨਵਾਦ। ਬਾਕੀ ਜਿਹੜੇ ਦੇਖੋ ਇਹ ਹਰ ਇੱਕ ਦਾ ਜਿਹੜਾ ਇੰਡੀਵਿਜੂਅਲ ਵੋਟਰ ਆ, ਗੱਲ ਇਹ ਵੀ ਤੁਹਾਡੀ ਜਿਹੜੀ ਸਹੀ ਆ, ਦੂਜੇ ਪਾਸੇ ਵੀ ਨਾਲ ਜਿਹੜੀ ਲੋਕ ਦੇਖਦੇ ਨੇ
ਕਹਿੰਦੇ ਵੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਵੀ ਅਸੀਂ ਜਿਹੜਾ ਉਹ ਦੇਖਣਾ, ਉਹ ਨਾਲ ਜਿਹੜਾ ਬੈਲੈਂਸ ਬਣਾਉਣ ਦੀ ਗੱਲ ਆ। ਕਿਸੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਆ ਉਹ ਫਾਈਨੈਂਸ਼ੀਅਲ ਚੀਜ਼ ਜ਼ਿਆਦਾ ਆ ਜਾਂਦੀ ਹੈ, ਉਹ ਉਸ ਹਿਸਾਬ ਦੇ ਨਾਲ ਜ਼ਿਆਦਾ ਸੈਨਿਕ ਦੇ ਨਾਲ ਜਿਹੜਾ ਉਹ ਜ਼ਿਆਦਾ ਦੇਖਦੇ ਆ। ਕੋਈ ਜਿਹੜੇ ਐਥਿਕਸ ਤੋਂ, ਕੋਈ ਜਿਹੜੇ ਉਹ ਆਪਣੀ ਕੌਮ ਦੀ ਜਿਹੜੀ ਆ ਉਹ ਸੈਨਿਕ ਤੋਂ ਜਿਹੜਾ ਉਹ ਦੇਖਦੇ ਹੈਗੇ ਆ। ਨੋ ਡਾਊਟ ਜਿਹੜਾ ਹੁਣ ਸਿੱਖ ਜੈਨੋਸਾਈਡ ਦਾ ਮਤਾ ਆਇਆ ਉਹ ਬਾਈ ਪਾਰਟੀਜ਼ਨ ਆ। ਆਪਾਂ ਇਹ ਜਦੋਂ ਤੋਂ ਹੀ ਇਹ ਆਏ ਆ, ਆਪਾਂ ਉਹਨਾਂ ਨੇ ਉਦੋਂ ਤੋਂ ਹੀ ਕਿਹਾ ਵੀ ਜਿਹੜੇ ਜਿਹੜੇ ਭਾਈ ਸਿੱਖਾਂ ਦੇ ਨਾਲ ਖੜਦੇ ਆ ਉਹਨਾਂ ਨੂੰ ਵੋਟ ਤੁਸੀਂ ਜ਼ਰੂਰ ਪਾਓ, ਉਹਨਾਂ ਦੇ ਤੁਸੀਂ ਹੱਕ ਦੇ ਵਿੱਚ ਜਿਹੜਾ ਉਹ ਨਾਲ ਜਿਹੜਾ ਉਹ ਆਓ, ਉਹਨਾਂ ਨੂੰ ਜਿਤਾਓ, ਕਿਉਂਕਿ ਸਾਥ ਦੇ ਰਹੇ ਆ ਉਹ ਅੱਗੇ ਵੀ ਸਾਥ ਦਿੰਦੇ ਰਹਿਣਗੇ। ਤੇ ਬਾਕੀ ਜਿਨ੍ਹਾਂ ਨੂੰ ਵੀ ਤੁਸੀਂ ਸਪੋਰਟ ਕਰ ਰਹੇ ਆ ਉਹਨਾਂ ਤੋਂ ਇਹ ਪਲੀਜ਼ ਜਿਹੜਾ ਉਹ ਮੇਕ ਸ਼ੋਰ ਤੁਸੀਂ ਕਰਾਉਣਾ ਆ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਆ ਉਹ ਤੁਸੀਂ ਜਿਹੜਾ ਉਹਨਾਂ ਤੋਂ ਇਹ ਕੰਮ ਜਿਹੜੇ ਉਹ ਕਰਾਉਣੇ ਆ। ਸੋ ਜਿਹੜੇ ਲੋਕ ਪੁੱਛ ਰਹੇ ਆ ਜਾਰਜੀਆ ਦਾ ਕੀ ਬਣਿਆ, ਜਾਰਜੀਆ ਦੇ ਵਿੱਚ ਜਿਹੜੇ ਰੈਫਨਸਬਰਗਰ ਆ ਸੈਕਟਰੀ ਆਫ ਸਟੇਟ, ਉਹਨਾਂ ਨੇ ਤਕਰੀਬਨ ਕਲੀਅਰ ਕਰ ਦਿੱਤਾ ਵੀ ਟਰੰਪ ਹੁਣੀ ਜਿਹੜੇ ਆ ਉਹ ਜਿੱਤ ਚੁੱਕੇ ਆ। ਨਾ ਸਰ ਹੋਣ ਵਾਲੀ ਜਿਹੜੀ ਉਹਨਾਂ ਦੇ ਕੋਲ ਇਸ ਟਾਈਮ ਲੀਡ ਜਿਹੜੀ ਆ ਉਹ ਪਹੁੰਚ ਚੁੱਕੀ ਹੈਗੀ ਆ। ਆਲਰੇਡੀ ਰਾਜਕਨਵੀਰ ਸਿੰਘ ਜੀ ਐਸੋਸੀਏਟਡ ਪ੍ਰੈਸ ਨੇ ਵੀ ਜਾਰਜੀਆ ਸਟੇਟ ਟਰੰਪ ਕਾਲ ਕਰ ਦਿੱਤੀ ਆ, ਬਿਲਕੁਲ ਜੀ। 247 ਇਲੈਕਟਰਲ ਵੋਟਸ ਟਰੰਪ ਉਹਨਾਂ ਦੇ ਕੋਲ ਹੋ ਗਏ ਆ, ਕਮਲਾ ਹੈਰਿਸ ਦੇ ਕੋਲ 210 ਹੈਗੇ ਆ। ਤੇ ਜਾਰਜੀਆ ਦੇ ਵਿੱਚ 94% ਵੋਟਾਂ ਕਾਊਂਟ ਹੋ ਚੁੱਕੀਆਂ ਆ। ਟਰੰਪ ਉਹਨਾਂ ਨੂੰ 26,40,803 ਤੇ ਕਮਲਾ ਹੈਰਿਸ ਨੂੰ 25,13,864 ਜਿਹੜੀਆਂ ਵੋਟਾਂ ਪਈਆਂ ਹੈਗੀਆਂ। ਸੋ ਇੱਥੇ ਜਿਹੜਾ ਆ ਜਾਰਜੀਆ ਸਟੇਟ ਆ ਉਹ ਟਰੰਪ ਉਹਨਾਂ ਦੇ ਝੋਲੀ ਵਿੱਚ ਪੈ ਗਈ ਹੈਗੀ ਜੀ। ਬਿਲਕੁਲ। ਅਗਲੇ ਕਾਲਰ ਨੇ ਢਿੱਲੋਂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ। ਹਾਂਜੀ, ਤੁਹਾਨੂੰ ਬਹੁਤ ਵਧਾਈਆਂ। ਤੁਸੀਂ ਕਿਹਾ ਕਿ ਸੈਕਰਾਮੈਂਟੋ ਅਸੀਂ ਸਾਰੇ ਇਕੱਠੇ ਹੋਏ, ਫਿਰ ਮਗਰੋਂ ਇਸ ਕੰਮ ਨੂੰ ਚੁੱਕਿਆ। ਸਾਡੀ ਸਿੱਖ ਜਿਹੜਾ ਹੈਗਾ ਉਹ ਤੁਹਾਡੀ ਮਿਹਰਬਾਨੀ ਦੇ ਨਾਲ ਇਹ ਪਾਸ ਹੋ ਗਿਆ। ਜੇ ਤੁਸੀਂ ਰੇਡੀਓ ਤੇ ਇਦਾਂ ਨਾ ਕਹਿੰਦੇ ਤਾਂ ਬਹੁਤ ਵੋਟਾਂ ਨਹੀਂ ਪੈਣੀਆਂ ਸੀ। ਧੰਨਵਾਦ ਜੀ ਤੁਹਾਡਾ ਬਹੁਤ। ਇਹ ਤਾਂ ਕੌਮੀ ਕੰਮ ਆ, ਸਾਰਿਆਂ ਦਾ ਫਰਜ਼ ਬਣਦਾ ਹੈਗਾ। ਨਹੀਂ ਹਰਜੋਤ, ਮੈਂ ਤੁਹਾਨੂੰ ਕ੍ਰੈਡਿਟ ਦਿੰਦਾ ਆ। ਚਲੋ ਠੀਕ ਆ। ਕ੍ਰੈਡਿਟ ਤਾਂ ਉਹਨਾਂ ਨੂੰ ਜਾਂਦਾ ਜਿਨ੍ਹਾਂ ਨੇ ਛਾਲੇ ਪਏ ਪੈਰਾਂ 'ਚ, ਜਿਹੜੇ ਤੁਰੇ ਆ। ਨਹੀਂ ਜੀ, ਉਹ ਪ੍ਰੌਪ 36 ਦੀ ਗੱਲ ਕਰਦੇ ਸੀ ਹਰਜੋਤ ਜੀ, ਉਹ ਪ੍ਰੌਪ 36 ਸਾਡੀ ਸਿੱਖਦੀ ਆ ਜਿਹੜੀ ਚੋਰੀ। ਹਾਂ ਜੀ 36 ਹਾਂ, ਉਹਦੇ 'ਚ ਜ਼ਰੂਰ ਮੈਂ ਪਹਿਲੇ ਦਿਨ ਤੋਂ ਹੀ ਅਨਵਾਇਸਡ ਰਿਹਾ, ਮੈਂ ਕਹਿ ਸਕਦਾ ਵੀ ਪਹਿਲੇ ਦਿਨ ਤੋਂ ਮੇਰਾ ਇਹ ਸੀ ਵੀ ਉਹ ਜਿਹੜਾ 36 ਆ ਪਾਸ ਹੋਣੀ ਚਾਹੀਦੀ। ਯਾਰ ਇੰਨਾ 10 ਸਾਲ ਹੋ ਗਏ ਕੈਲੀਫੋਰਨੀਆ ਦੇ ਵਿੱਚ ਕ੍ਰਾਈਮ ਵੱਧਦੇ ਨੂੰ, ਮੈਨੂੰ 35 ਸਾਲ ਹੋ ਗਏ ਕੈਲੀਫੋਰਨੀਆ 'ਚ ਰਹਿੰਦੇ ਨੂੰ, ਤੇ ਮੈਂ ਇਦਾਂ ਦੀ ਸਿਚੁਏਸ਼ਨ ਨਹੀਂ ਦੇਖੀ। ਇਹਦੇ 'ਚ ਆਪਣੇ ਭਰਾਵਾਂ ਦੇ ਬਿਜ਼ਨਸ ਬੰਦ ਹੁੰਦੇ ਮੈਂ ਦੇਖੇ, ਓਕਲੈਂਡ 'ਚ, ਸੈਨ ਫਰਾਂਸਿਸਕੋ 'ਚ, ਲਾਸ ਐਂਜਲਸ 'ਚ। ਕਹਿੰਦੇ ਕਰੀਏ ਕੀ, ਰੈਸਟੋਰੈਂਟ, 7-11, ਗੈਸ ਸਟੇਸ਼ਨ, ਲਿਕਰ ਸਟੋਰ, ਗਰੋਸਰੀ ਸਟੋਰ, ਕੀ ਕਰੀਏ, ਗੋਲੀਆਂ ਵੱਜਦੀਆਂ। ਆਪਾਂ ਮੁੰਡਿਆਂ ਦੀਆਂ ਕਿੰਨਿਆਂ ਦੀਆਂ ਮੌਤਾਂ ਦੇਖੀਆਂ। ਸੋ ਇਹ ਫੇਰ ਵੀ ਇਹ ਟਲਦੇ ਨਹੀਂ ਸੀ। ਡੈਮੋਕ੍ਰੇਟ ਕਹਿੰਦੇ ਸੀ ਨਹੀਂ ਜੀ, ਨੋ ਕਰਨਾ ਆ ਕੈਲੀਫੋਰਨੀਆ ਦਾ ਗਵਰਨਰ। ਹਾਲਾਂਕਿ ਇਹ ਜਿਹੜੀ ਪ੍ਰੋਪੋਜੀਸ਼ਨ ਰਾਜਕਨਵੀਰ ਸਿੰਘ ਜੀ, ਇਹ ਬਾਈ ਪਾਰਟੀਸ਼ਨ ਆਈ ਸੀ। ਡਿਸਟ੍ਰਿਕਟ ਅਟਾਰਨੀ ਸਾਰੇ ਡਿਸਟ੍ਰਿਕਟ ਅਟਾਰਨੀ ਦੇ ਸਪੋਰਟ 'ਚ ਸੀ, ਲਾ ਐਨਫੋਰਸਮੈਂਟ ਵਾਲੇ ਦੇ ਸਪੋਰਟ 'ਚ ਸੀਗੇ ਜੀ। ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ ਇਹਦੇ ਹੱਕ ਸੀ। ਸੈਨੋਜ਼ੇ ਦਾ ਮੇਅਰ ਜਿਹੜਾ ਆ ਉਹ ਇਹਦੇ ਹੱਕ 'ਚ ਸੀ। ਪਰ ਇਹ ਬਹੁਤ ਵਧੀਆ ਹੋਇਆ। ਹੋਪਫੁਲੀ ਇਹਦੇ ਨਾਲ ਜਿੱਦਾਂ ਦੇ ਡਿਸਟ੍ਰਿਕਟ ਅਟਾਰਨੀ ਵਧੀਆ ਆਣਗੇ ਤਾਂ ਲੋਕ ਜਿਹੜੇ ਕ੍ਰਾਈਮ ਕਰਦੇ ਉਹਨਾਂ ਨੂੰ ਅੰਦਰ ਸਿੱਟਿਆ ਜਾਊਗਾ, ਤਾਂ ਕੈਲੀਫੋਰਨੀਆ ਦੇ ਵਿੱਚ ਕ੍ਰਾਈਮ ਘਟੂਗਾ ਜੀ। ਥੈਂਕ ਯੂ ਢਿੱਲੋਂ ਜੀ। ਅਗਲੇ ਕਾਲਰ ਨੇ ਜਿਮੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਕਹਿ ਰਿਹਾ ਤੁਸੀਂ, ਮੈਂ ਥੋੜਾ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਇਲੈਕਟੋਰਲ ਵੋਟ ਦਾ ਤੁਹਾਡਾ ਸਮਝ ਆ ਗਿਆ। ਸਾਡੇ ਕੈਨੇਡਾ ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨ ਅੱਡ ਹੁੰਦੇ ਆ, ਫੈਡਰਲ ਇਲੈਕਸ਼ਨ ਅੱਡ ਹੁੰਦੇ ਆ। ਇੱਥੇ ਮੈਨੂੰ ਲੱਗਦਾ ਇੱਕੋ ਵਾਰੀ 'ਚ ਦੋਨੇ ਨਿਪਟਾ ਦਿੰਦੇ ਆ, ਫੈਡਰਲ ਵੀ ਤੇ। ਹਾਂਜੀ, ਬੈਲਟ ਦੇ ਉੱਤੇ ਘੱਟੋ ਘੱਟ 10, 12, 14, 20 ਵੀ ਜਿਹੜੀਆਂ ਉਹ ਵੱਖ-ਵੱਖ ਵੋਟਾਂ ਹੁੰਦੀਆਂ ਪਾਉਣੀਆਂ। ਵਧੀਆ, ਮੈਨੂੰ ਤਾਂ ਸਮਾਂ ਵਧੀਆ ਲੱਗਾ। ਖਰਚਾ ਘੱਟ ਹੁੰਦਾ ਆ ਹਨਾ ਇਲੈਕਸ਼ਨਾਂ ਦੇ ਉੱਤੇ। ਬਹੁਤ ਵਧੀਆ ਸਿਸਟਮ ਲੱਗਿਆ US ਦਾ। ਮੈਂ ਚਾਹੁੰਦਾ ਵੀ ਏਦਾਂ ਵੀ ਕੈਨੇਡਾ ਵੀ ਏਦਾਂ ਦਾ ਹੀ ਕੁਛ ਹੋਵੇ। ਪਰ ਮੈਂ ਉਹਨੇ ਸਮਝਣਾ ਚਾਹੁੰਦਾ ਕਿ ਉਹਨੇ ਦੋ ਹਾਊਸ ਹੁੰਦੇ, ਸੈਨੇਟ ਤੇ ਕਾਂਗਰਸ। ਕਿੱਦਾਂ ਫਰਕ ਕਰਦੀਆਂ ਜਿੱਦਾਂ ਤੁਸੀਂ ਹਿਸਾਬ ਲਾ ਲਓ ਵੀ ਲੋਕ ਸਭਾ ਤੇ ਰਾਜ ਸਭਾ ਸੁਣਿਆ ਨਾ,
ਉਸੇ ਤਰੀਕੇ ਦੇ ਨਾਲ ਹੀ ਜਿਹੜੀ ਆ ਉਹ ਵੀ ਨਹੀਂ ਪਤਾ ਜੀ, ਹਾਊਸ ਮੈਨੂੰ ਤਾਂ ਇੰਡੀਆ ਦਾ ਵੀ ਨਹੀਂ ਪਤਾ। ਚਲੋ ਕੋਈ ਨਹੀਂ, ਤੁਹਾਨੂੰ ਸਮਝਾ ਦਿੰਦੇ ਆ, ਥੋੜਾ ਜਿਹਾ ਇੱਥੇ ਵੀ ਆਪਾਂ ਚਰਚਾ ਕਰ ਲੈਂਦੇ ਆ, ਤੁਸੀਂ ਸੁਣਦੇ ਰਹਿਣਾ। ਸੋ ਇੱਥੇ ਕੀ ਆ ਵੀ ਜਿੱਦਾਂ ਆਪਾਂ ਕਹਿੰਦੇ ਸਾਡੇ ਨਾਲ ਧੱਕਾ ਹੁੰਦਾ ਜੀ ਇੰਡੀਆ ਦੇ ਵਿੱਚ, ਸਾਡੇ 13 MP ਜਿੱਤਦੇ ਆ, ਉਹ 13 ਨੂੰ ਕੋਈ ਨਹੀਂ ਪੁੱਛਦਾ, ਜੇ 13 ਚਾਹੇ ਇੱਕ ਪਾਰਟੀ ਦੇ ਵੀ ਜਿੱਤ ਜਾਣ। ਅਮਰੀਕਾ ਨੇ ਇੰਨਾ ਵਧੀਆ ਸਿਸਟਮ ਰੱਖਿਆ ਸੈਨੇਟ ਦੇ ਲਈ, ਹਰ ਸਟੇਟ ਦੇ 2-2 ਸੈਨੇਟਰ ਆ। ਮੇਰੀ ਸਟੇਟ ਜਿਹੜੀ ਕੈਲੀਫੋਰਨੀਆ ਆ, ਇੱਥੇ 39-40 ਮਿਲੀਅਨ ਪੋਪੂਲੇਸ਼ਨ ਆ, ਇੱਥੇ ਦੇ ਵੀ 2 ਸੈਨੇਟਰ ਆ। ਸਾਊਥ ਡਕੋਟਾ ਜਿੱਥੇ 6.5 ਲੱਖ ਪੋਪੂਲੇਸ਼ਨ ਆ, ਉੱਥੇ ਦੇ ਵੀ 2 ਸੈਨੇਟਰ ਆ। ਤੇ ਦੋਨਾਂ ਜਿਹੜੇ ਆਪਣੀ ਸਟੇਟ ਨੂੰ ਬਰਾਬਰ ਦੇ ਅਧਿਕਾਰ ਆ, ਜਿੱਦਾਂ ਕਹਿ ਲਓ ਵੀ ਮੁੱਖ ਦੀ ਗੱਲ ਵੀ ਸਟੇਟ ਦੇ ਬਰਾਬਰ ਦੇ ਜਿਹੜੇ ਇਸ ਚੀਜ਼ ਦੇ ਵਿੱਚ ਅਧਿਕਾਰ ਆ, ਤੇ ਉਹ ਕਦੀ ਵੀ ਵੱਧ ਨਹੀਂ ਸਕਦੇ, ਉਹ ਹਮੇਸ਼ਾ ਹੀ 100 ਹੀ ਰਹਿਣੇ ਆ। 50 ਸੂਬਿਆਂ ਦੇ ਵਿੱਚ ਸਿਰਫ 2-2 ਜਿਹੜੇ ਸੈਨੇਟਰ ਨੇ, ਸਾਰਿਆਂ ਨੂੰ ਜਿਹੜੇ ਉਹ ਮਿਲਣੇ ਨੇ। ਤੇ ਇਸ ਵਾਰ ਜਦੋਂ ਸੈਨੇਟ ਦੀ ਹੁਣ ਗੱਲ ਕਰ ਰਹੇ ਆ ਤਾਂ 51 ਜਿਹੜੀਆਂ ਰਿਪਬਲਿਕਨਸ ਤੇ 42 ਦੇ ਉੱਤੇ ਜਿਹੜੇ ਆ ਉਹ ਡੈਮੋਕ੍ਰੇਟ ਰਹਿ ਗਏ ਆ। 2 ਸਟੇਟਾਂ ਜਿਹੜੀਆਂ 2 ਸੀਟਾਂ ਉਹਨਾਂ ਨੇ ਫਲਿਪ ਜਿਹੜੀਆਂ ਕਰ ਦਿੱਤੀਆਂ। ਜਿਹੜੀ ਹਾਊਸ ਦੀਆਂ ਸੀਟਾਂ ਆ ਉਹ ਹਰਜੋਤ ਸਿੰਘ ਜੀ ਪਾਪੂਲੇਸ਼ਨ ਵਾਈਜ਼ ਹੁੰਦੀਆਂ, ਉਹ ਪਾਪੂਲੇਸ਼ਨ ਦੇ ਆਧਾਰ ਦੇ ਉੱਤੇ ਜਿਹੜੀਆਂ ਉਹ ਦੇਖੀਆਂ ਜਾਂਦੀਆਂ ਆ। ਕਈ ਵਾਰੀ ਕਿਸੇ ਸੂਬੇ ਦੀ ਵੱਧ ਜਾਂਦੀ ਆ, ਉਹ ਘਟ ਜਾਂਦੀ ਆ, ਉਹ ਵੀ 535 ਹੀ ਰਹਿਣੀ ਆ, ਉਹ ਮੇਨ ਨੰਬਰ ਆ। ਉਸ ਤੋਂ ਉੱਤੇ ਜਿਹੜਾ ਉਹ ਨਹੀਂ ਜਾਣਾ। ਹੁਣ ਮੈਂ ਕਨਫਿਊਜ਼ ਹੋਇਆ ਪਿਆ ਆ, 535 ਸੀ ਕਿ 538 ਸੀਗੇ। ਸੋ 538 ਹੀ ਆ, ਬਿਲਕੁਲ ਹਰਜੋਤ ਸਿੰਘ ਜੀ 538 ਹੀ ਆ। ਤਦੇ 270 ਦਾ ਹੀ 270 ਜਿਹੜਾ ਉਹ ਬਣਦਾ ਆ ਮੈਜੋਰਟੀ। ਸੋ ਉਹਦੇ ਚ ਕੀ ਆ ਵੀ ਜਿਹੜੇ ਕਈ ਬਿੱਲ ਪਾਸ ਹੋਣੇ ਆ, ਕਾਂਗਰਸ ਚ ਪਾਸ ਹੋਊਗਾ, ਫਿਰ ਸੈਨੇਟ ਜਾਊਗਾ, ਸੈਨੇਟ ਚ ਪਾਸ ਹੋਊਗਾ, ਫਿਰ ਪ੍ਰੈਜ਼ੀਡੈਂਟ ਸਾਈਨ ਕਰੂਗਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਮੈਟਰ ਕਰਦੀਆਂ ਤਾਂ ਕਿ ਹਰ ਇੱਕ ਸਟੇਟ ਦਾ, ਹਰ ਇੱਕ ਬੰਦੇ ਦਾ ਜਿਹੜਾ ਉਹਦੀ ਸੁਣਵਾਈ ਹੋ ਸਕੇ। ਇਹ ਨਹੀਂ ਪਈ ਹਾਂ 40 ਮਿਲੀਅਨ ਪੋਪੂਲੇਸ਼ਨ ਇੱਥੇ ਦੀ ਹੋ ਗਈ, ਟੈਕਸਸ ਦੀ ਹੋ ਗਈ, 2-3 ਵੱਡੀਆਂ ਸਟੇਟਾਂ ਨਹੀਂ ਤਾਂ ਛੋਟੀਆਂ ਨੂੰ ਪੁੱਛਣੇ ਨਾ। ਸੋ ਇਹ ਜਿਹੜਾ ਸਿਸਟਮ ਇਹਨੇ ਬਹੁਤ ਵਧੀਆ ਰੱਖਿਆ ਹੈ ਜੀ। ਬਿਲਕੁਲ, ਨਾਲੇ ਜਦੋਂ ਬਿੱਲ ਪਾਸ ਸਟੇਟ ਬਿਲਕੁਲ ਟਰੰਪ ਹੁਣੀ ਵਾਪਸ ਆਪਣੇ ਕੋਲ ਲੈ ਗਏ ਆ। NBC, ਐਸੋਸੀਏਟਡ ਪ੍ਰੈਸ, ਸਾਰੇ ਜਿਹੜੇ ਆ ਉਹ ਹੁਣ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੂੰ ਜਾਰਜੀਆ ਸਟੇਟ ਦੇ ਰਹੇ ਹੈਗੇ ਆ ਜੀ। ਬਿਲਕੁਲ, ਉਹ ਆਲਰੇਡੀ ਉਸ ਨੂੰ ਜਿਹੜਾ ਉਹ ਵਿਨ ਕਰ ਗਏ ਨੇ। ਸੋ 247 ਦੇ ਉੱਤੇ ਟਰੰਪ ਨੇ ਤੇ 210 ਦੇ ਉੱਤੇ ਇਸ ਟਾਈਮ ਕਮਲਾ ਹੈਰਿਸ ਆ। ਸੋ ਐਸੋਸੀਏਟਡ ਪ੍ਰੈਸ ਸੋ ਟਰੰਪ ਉਹਨਾਂ ਨੂੰ ਸਿਰਫ ਇਸ ਟਾਈਮ 13 ਜਿਹੜੇ ਆ ਇਲੈਕਟਰਲ ਵੋਟਸ ਚਾਹੀਦੇ ਹੈਗੇ ਆ। ਤੇ ਜੇ ਉਹ ਮਿਸ਼ੀਗਨ ਕੱਲੀ ਲੈ ਜਾਣ ਤਾਂ ਵੀ ਉਹ ਜਿੱਤਦੇ ਆ, ਪੈਨਸਿਲਵੇਨੀਆ ਲੈ ਜਾਣ ਤਾਂ ਵੀ ਜਿੱਤ ਜਾਂਦੇ ਆ। ਸੋ ਇਹਨਾਂ ਦੋਨਾਂ ਚੋਂ ਇੱਕ ਵੀ ਸਟੇਟ ਲੈ ਜਾਂਦੇ ਆ ਤਾਂ ਉਹ ਬਾਜੀ ਜਿਹੜੀ ਉਹ ਜਿੱਤ ਰਹੇ ਨੇ। ਪੈਨਸਿਲਵੇਨੀਆ ਲੈ ਜਾਂਦੇ ਆ ਤੇ 19 ਆ ਉੱਥੇ ਦੇ, ਵਿਸਕੌਨਸਨ ਜੇ ਲੈ ਜਾਂਦੇ ਆ ਉੱਥੇ ਦੇ 10 ਆ, ਐਰੀਜ਼ੋਨਾ ਦੇ 11 ਆ, ਨਵਾਡਾ ਦੇ 6 ਆ। ਸੋ ਜੇ ਐਰੀਜ਼ੋਨਾ 'ਚ ਵੀ ਬੜੀ ਫਾਸਟ ਟੱਕਰ ਆ। ਨਵਾਡਾ ਦੇ ਰਿਜ਼ਲਟਸ ਵੀ ਆਣੇ ਸ਼ੁਰੂ ਹੋਏ ਆ। ਨਵਾਡਾ ਦੀ ਕਾਫੀ ਰਿਪੋਰਟਿੰਗ ਹੋ ਗਈ ਰਾਜਕਨਵੀਰ ਸਿੰਘ ਜੀ, ਆਪਾਂ ਅਪਡੇਟ ਨਹੀਂ ਕਰ ਸਕੇ। 75% ਵੋਟਾਂ ਕਾਊਂਟ ਹੋ ਗਈਆਂ। ਮੈਂ ਦੱਸ ਦਵਾਂ ਆਪਣੇ 5,17,984 ਟਰੰਪ ਉਹਨਾਂ ਦੇ ਕੋਲ ਆ, 4,83,232 ਕਮਲਾ ਹੈਰਿਸ ਦੇ ਕੋਲ ਆ। ਸੋ 34,000 ਵੋਟਾਂ ਦਾ ਫਰਕ ਆ, 25% ਵੋਟਾਂ ਹੋਰ ਕਾਊਂਟ ਹੋਣੀਆਂ ਆ। ਸੋ ਇੱਥੇ ਵੀ ਉਹ ਅੱਗੇ ਜਾ ਰਹੇ ਹੈਗੇ ਆ ਜੀ। ਇੱਥੇ 3% ਪੁਆਇੰਟ ਦੇ ਨਾਲ ਅੱਗੇ ਜਿਹੜੇ ਉਹ ਰਹਿ ਗਏ ਨੇ। ਹਰਜੋਤ ਸਿੰਘ ਜੀ 270 ਚਾਹੀਦੀਆਂ ਆ। ਸੋ 13 ਨਹੀਂ, ਆਈ ਥਿੰਕ 23 ਜਿਹੜੀ ਉਹਨਾਂ ਨੂੰ ਵੋਟਾਂ ਦੀ ਹੋਰ ਜਿਹੜੀ ਦਰਕਾਰ ਆ ਟਰੰਪ ਹੋਣਾ ਨੂੰ। 23 ਵੋਟਾਂ ਦੀ ਜਿਹੜੇ ਟਾਈਮ ਹੋ ਗਿਆ ਨਾ, ਹੁਣ 6:30 ਵਜੇ ਲੱਗੇ ਆ, 10 ਵੱਜ ਗਏ ਆ। ਕਿਉਂਕਿ ਆਪਾਂ ਨੂੰ ਚਾਹ ਮਿਲੀ ਹੈਗੀ, ਸਾਰੇ ਸੁਣੀ ਵੀ ਜਾਂਦੇ ਆ ਹਨਾ, ਤੇ ਕਹੀ ਜਾਂਦੇ ਵੀ ਅਸੀਂ ਲੱਡੂ ਲੈ ਕੇ ਆਵਾਂਗੇ ਜੀ ਜੇ ਟਰੰਪ ਹੁਣੀ ਜਿੱਤੇ ਜਾਂ ਕਮਲਾ ਹੈਰਿਸ ਹੁਣੀ ਜਿੱਤੇ। ਸੋ ਪਰ ਇੱਥੇ ਸਾਡੀ ਤਾਂ ਜਿਹੜਾ ਫਿਊਲ ਆ ਉਹ ਖਤਮ ਹੋਇਆ ਪਿਆ ਨਾ, ਤਾਂ ਕਰਕੇ ਹੁਣ ਟਾਈਟ। ਸੋ ਜਿਹੜੇ ਰਿਪਬਲਿਕਨਸ ਆ ਉਹ ਇਸ ਗੱਲ ਨੂੰ ਸੈਲੀਬ੍ਰੇਟ ਕਰ ਰਹੇ ਆ ਪਈ ਕਾਲੇ ਮੂਲ ਦੇ ਲੋਕ, ਜਿਹੜੇ ਹਿਸਪੈਨਿਕ ਮੂਲ ਦੇ ਵੋਟਰਸ ਆ, ਉਹਨਾਂ ਨੇ ਅਰਲੀ ਟਰਨ ਆਊਟ ਕੀਤਾ ਹੈਗਾ। ਉਹਨਾਂ ਨੇ ਪਹਿਲਾਂ ਵੋਟਾਂ ਜਿਹੜੀਆਂ ਪਾਈਆਂ ਹੈਗੀਆਂ, ਉਹ ਜਿਹੜਾ ਰਿਪਬਲਿਕਨਸ ਨੂੰ ਇਹ ਕਾਫੀ ਜਿਹੜਾ ਫਰਕ ਪਿਆ ਹੈਗਾ। ਸੋ ਇਹ ਵੀ ਕਹਿੰਦੇ ਡੈਮੋਗ੍ਰਾਫਿਕਸ ਇਹ ਆਈਆਂ ਆ ਪਈ ਕਾਲੇ ਮੂਲ ਦੇ ਲੋਕ ਤੇ ਸਪੈਨਿਸ਼ ਮੂਲ ਦੇ, ਹਿਸਪੈਨਿਕ ਮੂਲ ਦੇ ਲੋਕ, ਉਹ ਜਿਹੜੇ ਡੈਮੋਕ੍ਰੇਟ ਲੀਨ ਕਰਦੇ ਆ, ਉਹਨਾਂ ਨੇ ਇਸ ਵਾਰ ਰਿਪਬਲਿਕਨਸ ਨੂੰ ਕਾਫੀ ਵੋਟਾਂ ਜਿਹੜੀਆਂ ਪਾਈਆਂ ਹੈਗੀਆਂ। ਇਹ ਐਸੋਸੀਏਟਡ ਪ੍ਰੈਸ ਜਿਹੜਾ ਆ ਉਹ ਕਹਿ ਰਿਹਾ ਹੈਗਾ ਜੀ। ਜੀ ਬਿਲਕੁਲ। ਸੋ ਇਹ ਜਿਹੜੀਆਂ ਇਸ ਟਾਈਮ ਲੇਟੈਸਟ ਜਿਹੜਾ ਉਹ ਚੱਲ ਰਿਹਾ ਆ। ਬਾਕੀ ਸਾਡੇ ਜਿਹੜੇ ਸਰੋਤੇ ਅਜੇ ਵੀ ਨਾਲ ਜੁੜੇ ਆ। ਸੋ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਕਾਰਵਾਂ ਦੀ ਜਿਹੜੀ ਉਹ ਗੱਲ ਚੱਲਦੀ ਸੀਗੀ ਵੀ ਉਧਰੋਂ ਆਉਣਗੇ ਜੀ, ਉਹ ਹੁਣ ਦੇਖੋ ਐਂਡ ਦੇ ਵਿੱਚ ਆ ਕੇ ਬਾਈਡਨ ਪ੍ਰਸ਼ਾਸਨ ਨੂੰ ਤੇ ਨਾਲ ਦੇ ਨਾਲ ਕਮਲਾ ਹੈਰਿਸ ਵੀ ਆਬਵੀਅਸਲੀ ਨਾਲ ਹੀ ਉਹਨਾਂ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਸੀਗੇ,
ਤੇ ਉਹਨਾਂ ਦੇ ਉੱਤੇ ਵੀ ਦਬਾਅ ਇੰਨਾ ਕੁ ਜ਼ਿਆਦਾ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਵੱਧ ਗਿਆ ਸੀਗਾ ਵੀ ਉਹਨਾਂ ਨੂੰ ਵੀ ਇਹ ਫੈਸਲਾ ਲੈਣਾ ਪਿਆ ਸੀ, ਮੈਕਸੀਕੋ ਥਾਣੀ ਆਉਣ ਵਾਲਾ ਬੰਦਾ ਤੇ ਨਾਲ ਦੇ ਨਾਲ ਜਿਹੜਾ ਕੈਨੇਡਾ ਥਾਣੀ ਆਉਣ ਵਾਲਾ ਕੋਈ ਵੀ ਇਨਸਾਨ ਆ, ਉਹਨਾਂ ਨੂੰ ਜਿਹੜਾ ਉਹਨਾਂ ਮੁਲਕਾਂ ਦੇ ਵਿੱਚ ਪਹਿਲਾਂ ਤੁਹਾਨੂੰ ਅਸਾਈਲਮ ਲੈਣਾ ਪਊਗਾ, ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜਾ ਆ ਇੱਥੇ ਕਰ ਸਕਦੇ। ਜੇ ਅਸਾਈਲਮ ਦੀ ਨਾ ਹੋਊਗੀ ਫਿਰ ਤੁਸੀਂ ਇੱਥੇ ਜਿਹੜਾ ਉਹ ਕਰ ਸਕਦੇ ਆ। ਅਖੀਰਲੇ ਮੌਕੇ ਦੇ ਵਿੱਚ ਆਪਾਂ ਦੇਖਿਆ ਈਲਨ ਮਸਕ ਵਰਗੇ ਬੰਦੇ ਵੀ ਪੂਰੀ ਤਰ੍ਹਾਂ ਟਰੰਪ ਦੇ ਜਿਹੜੇ ਪ੍ਰਸ਼ਾਸਨ ਦੇ ਅੰਡਰ ਜਿਹੜੇ ਉਹ ਨਾਲ ਜਿਹੜੇ ਪੂਰੀ ਤਰ੍ਹਾਂ ਜਿਹੜੇ ਉਹ ਜੁੜ ਗਏ ਸੀਗੇ। ਹੁਣ ਵੀ ਜਿਹੜਾ ਇਸ ਟਾਈਮ ਦੇਖਿਆ ਗਿਆ ਆ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋਈਆਂ। ਉਹਨੇ ਤਾਂ ਆਲਰੇਡੀ ਇੱਕ ਫੋਟੋਸ਼ਾਪ ਇਮੇਜ ਕਰਕੇ ਜਿਹੜੀ ਉਹ ਪਾ ਦਿੱਤੀ ਵਾਈਟ ਹਾਊਸ ਦੇ ਵਿੱਚ ਸਿੰਕ ਲੈ ਕੇ ਜਿਹੜਾ ਹੋ ਗਿਆ ਆ ਵੀ ਲੈਟ ਦੈਟ ਸਿੰਕ ਇਨ। ਜਿਸ ਦਿਨ ਇਸਨੇ ਟਵਿੱਟਰ ਖਰੀਦਿਆ ਸੀ ਉਸਨੇ ਵੀ ਲੈਟ ਦੈਟ ਸਿੰਕ ਇਨ ਇੱਕ ਸਿੰਕ ਲੈ ਕੇ ਟਵਿੱਟਰ ਦੇ ਹੈੱਡਕੁਆਟਰ ਦੇ ਵਿੱਚ ਪਹੁੰਚ ਗਿਆ ਸੀਗਾ। ਸੋ ਇਹ ਸਾਰਾ ਕੁਝ ਜਿਹੜਾ ਉੱਥੇ ਇਸ ਟਾਈਮ ਨਾਲ ਵਾਪਰ ਰਿਹਾ ਆ। ਗਵਾਂਢੀ ਮੁਲਕਾਂ ਦੇ ਨਾਲ ਟਰੰਪ ਹੁਣਾਂ ਦਾ ਰਵੱਈਆ ਕੀ ਰਹੇਗਾ, ਇਹ ਇੱਕ ਜਿਹੜੀ ਵੱਡੀ ਜਿਹੜੀ ਚੀਜ਼ ਆ। ਜਿਹੜਾ ਇਹਨਾਂ ਨੇ USMCA ਖੁਦ ਆਪ ਅਪਰੂਵ ਕਰਕੇ ਜਿਹੜਾ ਆ ਉਹ ਪਾਸ ਕਰਾਇਆ ਸੀ, ਉਹ ਖੁਦ ਹੁਣ ਟਰੰਪ ਹੁਣੀ ਕਹਿੰਦੇ ਵੀ ਉਹ ਵਧੀਆ ਨਹੀਂ, ਉਹਨੂੰ ਤੋੜ ਕੇ ਨਵਾਂ ਫੇਰ ਬਣਾਉਣਾ ਆ। ਸੋ ਇਹ ਗਵਾਂਢੀ ਮੁਲਕਾਂ ਨੂੰ ਵੀ ਹੁਣ ਵਿਪਤਾ ਦੇ ਵਿੱਚ ਨਾਲ ਜਿਹੜਾ ਉਹ ਪੈਣਗੇ, ਉਹਨਾਂ ਨੂੰ ਵੀ ਭੱਜ ਦੌੜ ਜਿਹੜੀ ਉਹ ਲੱਗੂਗੀ ਵੀ ਭਾਈ ਆਪ ਹੀ ਕਰਾ ਕੇ ਗਏ ਸੀ, ਆਪਣੇ ਨੂੰ ਹੀ ਭੰਡ ਕੇ ਹੁਣ ਨਵੇਂ ਵੱਲ ਨੂੰ ਜਿਹੜਾ ਉਹ ਕਰਨਗੇ। ਅਰਜਨਟੀਨਾ ਦੇ ਵਿੱਚ ਜਦੋਂ ਹੁਣ ਰੀਸੈਂਟਲੀ ਨਵਾਂ ਇੱਕ ਰਾਸ਼ਟਰਪਤੀ ਬਣਿਆ ਸੀ, ਉਸਨੇ ਬਹੁਤ ਸਾਰੀਆਂ ਜਿਹੜੀਆਂ ਗਵਰਨਮੈਂਟ ਦੀਆਂ ਪੋਸਟ ਆ ਜਾਂ ਇਦਾਂ ਦੇ ਮਹਿਕਮੇ ਆ, ਮੰਤਰਾਲੇ ਜਿਨ੍ਹਾਂ ਨੂੰ ਕਹਿ ਦਿੰਦੇ ਆ, ਉਹਨਾਂ ਨੂੰ ਬੰਦ ਕਰ ਦਿੱਤਾ ਸੀ। ਈਲਨ ਮਸਕ ਨੇ ਉਹੀ ਜਿਹੜਾ ਹੁਣ ਇਸ਼ਾਰਾ ਜਿਹੜਾ ਉਹ ਇੱਥੇ ਕੀਤਾ ਹੈਗਾ ਆ। ਜਿਹੜਾ ਕੈਨੇਡੀ ਆ ਉਸਨੇ ਇਹ ਨਾਰਾ ਦਿੱਤਾ ਸੀ ਮੇਕ ਅਮਰੀਕਾ ਹੈਲਦੀ ਅਗੇਨ, ਜਿੱਦਾਂ ਟਰੰਪ ਹੋਣਾ ਦਾ ਇਹ ਨਾਰਾ ਸੀ ਮੇਕ ਅਮਰੀਕਾ ਗ੍ਰੇਟ ਅਗੇਨ। ਕਹਿੰਦੇ ਵੀ ਮੈਂ ਆਉਂਦਿਆਂ ਸਾਰ ਹੀ ਜੇ ਮੈਨੂੰ ਇਸ ਮੈਡੀਕੇਸ਼ਨ ਨੂੰ ਲੈ ਕੇ ਜਿਹੜਾ ਉਹ ਬਣਾਉਂਦੇ ਆ ਤਾਂ ਉਸ ਵਿੱਚ ਆਉਂਦਿਆਂ ਹੀ ਪਾਣੀ ਦੇ ਵਿੱਚ ਜਿਹੜਾ ਫਲੋਰਾਈਡ ਆ ਐਡ ਕੀਤਾ ਜਾਂਦਾ ਹੈ, ਉਸ ਦੀ ਡਾਕਟਰਾਂ ਦੇ ਮੁਤਾਬਕ ਤੇ ਉਸ ਦੇ ਨਾਲ ਫਾਇਦਾ ਹੁੰਦਾ ਆ, ਪਰ ਕਹਿੰਦੇ ਵੀ ਮੈਂ ਉਸ ਨੂੰ ਇਸ ਦੇ ਵਿੱਚੋਂ ਕੱਢ ਦਊਂਗਾ। ਸੋ ਉਹ ਫਲੋਰਾਈਡ ਆ ਉਸ ਨੂੰ ਐਡ ਕਰਨ ਤੋਂ ਉਹਨਾਂ ਨੇ ਜਿਹੜਾ ਉਹ ਇਨਕਾਰ ਬੇਸਿਕਲੀ ਉਹਨਾਂ ਨੇ ਲਾ ਦੇਣਾ ਹੈਗਾ ਆ। ਸੋ ਕੀ ਜਿਹੜਾ ਇਸ ਦੇ ਵਿੱਚ ਸਾਰੀਆਂ ਚੀਜ਼ਾਂ ਵਾਪਰਨਗੀਆਂ, ਇਹ ਹੁਣ ਆਪਣੇ ਸਾਹਮਣੇ ਹੌਲੀ ਹੌਲੀ ਜਿਹੜਾ ਆ ਹਰਜੋਤ ਸਿੰਘ ਜੀ ਜਿਹੜਾ ਉਹ ਹੁੰਦਾ ਜਾਊਗਾ। ਸੋ ਟਰੰਪ ਅਲਾਸਕਾ ਦੇ ਵਿੱਚ ਆਲਰੇਡੀ ਜਿਹੜੀ ਆ ਕਾਊਂਟਿੰਗ ਸ਼ੁਰੂ ਹੋ ਗਈ ਆ ਤੇ ਉਹ ਪ੍ਰੋਜੈਕਟ ਕੀਤਾ ਜਾ ਰਿਹਾ ਵੀ ਅਲਾਸਕਾ ਵੀ ਟਰੰਪ ਹੋਣਾ ਨੂੰ ਜਾ ਰਹੀ ਆ। ਸੋ 3 ਜਿਹੜੇ ਹੈਗੇ ਆ ਅਲਾਸਕਾ ਦੇ ਇਲੈਕਟਰਲ ਵੋਟਸ ਆ, ਹੁਣ ਤੱਕ 15% ਵੋਟਾਂ ਕਾਊਂਟ ਹੋਈਆਂ। ਡੋਨਲਡ ਟਰੰਪ ਉਹਨਾਂ ਨੂੰ 33,081 ਤੇ ਕਮਲਾ ਹੈਰਿਸ ਨੂੰ 23,515। ਸੋ ਜੇ ਅਲਾਸਕਾ ਦੇ ਵੀ 3 ਉਹਨਾਂ ਦੇ ਕੋਲ ਚਲ ਜਾਂਦੇ ਆ ਤੇ 250 ਜਿਹੜੀਆਂ ਉਹਨਾਂ ਦੀਆਂ ਹੋ ਜਾਣੀਆਂ ਆ। ਪਰ ਜਿਹੜੀ ਸਿਚੁਏਸ਼ਨ ਹੈ ਕਹਿੰਦੇ 2016 ਵਾਲੀ ਬਣਦੀ ਪਈ ਹੈਗੀ। ਬਿਲਕੁਲ ਉਦਾਂ ਹੀ, ਬਿਲਕੁਲ ਸਹੀ ਗੱਲ ਜੀ। ਕਹਿੰਦੇ ਵੀ 2016 ਦੇ ਵਿੱਚ ਵੀ ਬੀਬੀ ਸੀਗੀ ਹਰਾਉਣ ਵਾਲੇ ਤੇ ਉਹ ਵੀ ਇਹ ਸੀ ਵੀ ਮੈਂ ਟਰੰਪ ਨੂੰ ਹਰਾ ਦੇਣਾ ਆ। ਤੇ ਅਲਟੀਮੇਟਲੀ ਕਹਿੰਦੇ ਵੀ ਇਲੈਕਸ਼ਨ ਨਾਈਟ ਪਾਰਟੀ 'ਚ ਉਹ ਪਹੁੰਚੀ ਨਹੀਂ, ਆਪਣੇ ਜਿਹੜੇ ਟੌਪ ਦੇ ਏਡ ਆ ਉਹ ਉੱਥੇ ਭੇਜ ਦਿੱਤੇ। ਹੁਣ ਵੀ ਕਹਿੰਦੇ ਵੀ ਸੇਮ ਹੀ ਕਮਲਾ ਹੈਰਿਸ ਨੇ ਕੀਤਾ ਆ। ਹੁਣ ਆਪਣੇ ਜਿਹੜੇ ਟੌਪ ਦੇ ਏਡ ਹੈਗੇ, ਜਿਹੜੇ ਉਹਨਾਂ ਦੇ ਸਹਾਇਕ ਆ, ਉਹਨਾਂ ਨੂੰ ਉੱਥੇ ਭੇਜ ਦਿੱਤਾ ਹੈਗਾ ਆ ਤੇ ਆਪ ਉਹ ਉੱਥੇ ਨਹੀਂ ਜਾ ਰਹੇ ਹੈਗੇ। ਹੁਣ ਜਿਹੜਾ ਬੰਦਾ ਹਾਰਦਾ ਹੋਵੇ ਹਰਜੋਤ ਸਿੰਘ ਜੀ, ਉਹਨੇ ਕਿੱਥੇ ਜਿਹੜਾ ਉਹ ਜਾ ਕੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨਾ। ਹੈਰਿਸ ਕੈਂਪੇਨ ਦੇ ਜਿਹੜੇ ਕੋ-ਚੇਅਰ ਆ, ਉਹਨੇ ਨਿਰਾਸ਼ ਹੋਏ ਜਿਹੜੇ ਉਹਨਾਂ ਦੇ ਸਪੋਰਟਰਸ ਆ ਨਾਈਟ ਪਾਰਟੀ ਦੇ ਵਿੱਚ, ਉਹਨਾਂ ਨੇ ਇਹ ਬਿਆਨ ਇੰਨਾ ਕਿ ਜਿਹੜਾ ਉਹ ਦਿੱਤਾ, ਵੀ ਸਟਿਲ ਹੈਵ ਵੋਟਸ ਟੂ ਕਾਊਂਟ, ਵੀ ਵੋਟਾਂ ਅਜੇ ਗਿਣਨ ਵਾਲੀਆਂ ਜਿਹੜੀਆਂ ਉਹ ਪਈਆਂ ਨੇ। ਵੋਟਰ ਜਿਹੜੇ ਉਹ ਹਾਰਵਰਡ ਫਰੈਸ਼ਮੈਨ ਵਾਲੇ ਜਿਹੜੇ ਕਈ ਆ, ਜਿੱਥੇ ਪਾਰਟੀ ਹੋ ਰਹੀ ਸੀ ਇਹਨਾਂ ਦੀ ਨਾਈਟ ਜਿਹੜੀ ਵਾਚ ਪਾਰਟੀ ਆ, ਉਹ ਕਹਿ ਰਹੇ ਸੀ ਵੀ ਅਸੀਂ ਡਿਸਅਪੁਆਇੰਟਡ ਆ ਪਰ ਅਸੀਂ ਹੋਪਫੁਲ ਵੀ ਆ ਵੀ ਆਉਣ ਵਾਲਾ ਸਮਾਂ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹੋਊਗਾ। ਸੋ ਲੈਟਸ ਸੀ ਕੀ ਇਸ ਪੂਰੇ ਮਾਮਲੇ ਦੇ ਵਿੱਚ ਬਣਦਾ ਆ। ਤੇ ਬਹੁਤ ਸਾਰੇ ਲੋਕਾਂ ਦੀ ਹੁਣ ਟੇਕ ਆ ਟਰੰਪ ਹੋਣਾ ਦੇ ਉੱਤੇ, ਬਹੁਤ ਸਾਰਾ ਉਹਨਾਂ ਦੇ ਉੱਤੇ ਵੀ ਜਿਹੜਾ ਹੁਣ ਇਹ ਪ੍ਰੈਸ਼ਰ ਹੋਊਗਾ ਕਿਸ ਤਰੀਕੇ ਦੇ ਨਾਲ ਇਹ ਮੁਲਕ ਨੂੰ ਅੱਗੇ ਲੈ ਕੇ ਜਾ ਸਕਦੇ ਆ। ਇਹ ਜਿਹੜੀ ਆ ਉਹ ਹੁਣ ਦੇਖਣ ਵਾਲੀ ਗੱਲ ਰਹੇਗੀ ਜੀ। ਥੋੜੀ ਜਿਹੀ ਅਪਡੇਟ ਕਰਦੇ ਜਾਈਏ ਤੇ ਫਿਰ ਮਾੜੀ ਜਿਹੀ ਬ੍ਰੇਕ ਵੀ ਲੈ ਲਾਂਗੇ। ਮੈਨੂੰ ਲੱਗਦਾ ਵੀ ਰਿਜ਼ਲਟ
ਇੱਕ ਅੱਧੇ ਘੰਟੇ 'ਚ ਹੋਏ ਜਾਣੇ ਆ ਫਾਈਨਲ। ਵਿਸਕੌਨਸਨ ਦੇ ਜਿਹੜੇ 10 ਇਲੈਕਟਰਲ ਵੋਟਸ ਆ 86% ਵੋਟਾਂ ਉੱਥੇ ਕਾਊਂਟ ਹੋ ਚੁੱਕੀਆਂ। ਟਰੰਪ ਉਹਨਾਂ ਦੇ ਕੋਲ 15,05,081 ਤੇ ਕਮਲਾ ਹੈਰਿਸ ਉਹਨਾਂ ਦੇ ਕੋਲ 13,80,362। ਸੋ ਕਾਫੀ ਜਿਹੜਾ ਇੱਥੇ ਵੋਟਾਂ ਦਾ ਫਰਕ ਪੈ ਗਿਆ ਹੈਗਾ। ਇਸ ਤੋਂ ਬਿਨਾ ਜੋ ਕਹਿੰਦੇ ਆ ਵੀ ਮਿਸ਼ੀਗਨ ਦੇ ਵਿੱਚ ਮੇਰੀ ਤਾਂ ਚਾਹ ਆ ਗਈ ਰਾਜਕਨਵੀਰ ਸਿੰਘ ਜੀ, ਸੋ ਮੈਂ ਤਾਂ ਹੁਣ ਠੀਕ ਆ, ਤੁਸੀਂ ਆਪਣੇ ਇੱਧਰ ਦੇਖੋ। ਸਾਡੇ ਨਹੀਂ ਜੀ ਕੋਈ ਨਹੀਂ ਪੁੱਛਦਾ ਇੱਥੇ, ਚਾਹ ਚੂ ਨੂੰ ਮੈਂ ਲਾ ਲਿਆ ਹਿਸਾਬ। ਜਿਹੜੇ ਬਾਹਰ ਵੀ ਬੈਠੇ ਆ ਨਾ ਜਿਹੜੇ, ਉਹ ਵੀ ਆਪਣੇ ਫੋਨ ਤੇ ਹੀ ਬਿਜ਼ੀ ਨੇ ਸਾਰੇ ਜਾਣੇ। ਕੋਈ ਨਹੀਂ ਜਿਹੜਾ ਉਹ ਚਾਹ ਦੇ ਵੱਲ ਨੂੰ ਧਿਆਨ ਦੇ ਰਿਹਾ। ਚਲੋ ਕੋਈ ਗੱਲ ਨਹੀਂ। ਮਿਸ਼ੀਗਨ ਦੀਆਂ ਜਿਹੜੀਆਂ 15 ਇਲੈਕਟਰਲ ਵੋਟਸ ਹੈਗੀਆਂ ਆ 63% ਕਾਊਂਟ ਹੋ ਗਈਆਂ। ਡੋਨਲਡ ਟਰੰਪ ਉਹਨਾਂ ਦੇ ਕੋਲ 19,60,973 ਤੇ ਕਮਲਾ ਹੈਰਿਸ ਦੇ ਕੋਲ 17,30,461। ਸੋ ਇੱਥੇ ਲਗਭਗ 2,30,000 ਵੋਟਾਂ ਦਾ ਜਿਹੜਾ ਫਰਕ ਹੈਗਾ ਟਰੰਪ ਉਹਨਾਂ ਦੇ ਤੇ ਕਮਲਾ ਹੈਰਿਸ ਦੇ ਵਿੱਚ। ਜੀ ਬਿਲਕੁਲ। ਐਰੀਜ਼ੋਨਾ ਦੇ ਵਿੱਚ ਜਿਹੜੀ ਆ ਫਸਵੀਂ ਟੱਕਰ ਆ। ਐਰੀਜ਼ੋਨਾ ਦੇ ਵਿੱਚ 11 ਇਲੈਕਟਰਲ ਵੋਟਸ ਆ। ਉੱਥੇ ਡੋਨਲਡ ਟਰੰਪ ਉਹਨਾਂ ਦੇ ਕੋਲ 9,34,888, ਕਮਲਾ ਹੈਰਿਸ ਕੋਲ 9,18,520 ਆ। 51% ਉੱਥੇ ਜਿਹੜੀਆਂ ਵੋਟਾਂ ਆ ਕਾਊਂਟ ਹੋਈਆਂ ਹੈਗੀਆਂ। ਮੈਨੂੰ ਲੱਗਦਾ ਵੀ ਨੋਟਾ ਦਾ ਵੀ ਜਿਹੜੀ ਕਾਫੀ ਟੱਕਰ ਦਾ ਫਸਵੀਂ ਆ, ਪਰ 75% ਵੋਟਾਂ ਕਾਊਂਟ ਹੋਣ ਤੇ ਡੋਨਲਡ ਟਰੰਪ ਉਹਨਾਂ ਕੋਲ 5,18,403, ਕਮਲਾ ਹੈਰਿਸ ਕੋਲ 4,83,330। 6 ਇਲੈਕਟਰਲ ਵੋਟਾਂ ਹੈਗੀਆਂ ਆ ਤੇ ਲਗਭਗ ਇਹ 35,000 ਵੋਟਾਂ ਦਾ ਇੱਥੇ ਫਰਕ ਹੈਗਾ ਆ। ਸੋ ਇਹਨਾਂ ਸਟੇਟਾਂ ਦੇ ਵਿੱਚ ਸਾਰੀਆਂ ਚੋਂ ਲੀਡ ਕਰ ਰਹੇ ਆ। ਸਿਰਫ ਇੱਕ ਮਿਨੇਸੋਟਾ ਜਿਹੜੀ ਸਟੇਟ ਹੈਗੀ ਆ ਜਿੱਥੇ ਕਮਲਾ ਹੈਰਿਸ ਹੁਣੀ ਲੀਡ ਕਰ ਰਹੇ ਹੈਗੇ ਆ ਲਗਭਗ 70-80,000 ਵੋਟ ਨਾਲ। 73% ਉੱਥੇ ਕਾਊਂਟ ਹੋ ਚੁੱਕੀਆਂ। ਕਮਲਾ ਹੈਰਿਸ ਉਹਨਾਂ ਦੇ ਕੋਲ 12,33,238 ਆ। ਡੋਨਲਡ ਟਰੰਪ ਉਹਨਾਂ ਕੋਲ 11,47,056 ਦੇ ਕਰੀਬ ਹੈਗੀਆਂ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਣੇ ਜਿਹੜਾ ਉਹ ਸਾਹਮਣੇ ਜਿਹੜੀਆਂ ਉਹ ਚੱਲ ਰਹੀਆਂ ਆ। ਤੇ ਜਿਹੜੇ ਜਸਮੀਤ ਬੈਂਸ ਹੁਣੀ ਲੀਡ ਕਰ ਰਹੇ ਆ, ਜਿਹੜੀ ਕੈਲੀਫੋਰਨੀਆ ਦੇ ਵਿੱਚ ਅਸੈਂਬਲੀ ਦੇ ਵਿੱਚ ਹੈਗੇ ਆ 24,665 ਜਿਹੜੀਆਂ ਵੋਟਾਂ ਜੋ ਕਿ ਤਕਰੀਬਨ 58.3% ਬਣਦੀਆਂ। ਤੇ ਜਿਹੜੇ ਦੂਜੇ ਉਹਨਾਂ ਦੇ ਆਪੋਜੀਸ਼ਨ 'ਚ ਰੋਬਰਟ ਰੋਜ਼ਾਜ਼ ਉਹ 17,659 ਵੋਟਾਂ ਦੇ ਨਾਲ ਜਿਹੜੇ ਉਹ ਪਿੱਛੇ ਚੱਲ ਰਹੇ। ਸੋ ਜਸਮੀਤ ਬੈਂਸ ਜਿਹੜੀ ਆ ਹਾਲ ਦੀ ਘੜੀ ਇਸ ਦੇ ਵਿੱਚ ਜਿਹੜਾ ਉਹ ਲੀਡ ਕਰ ਰਹੇ ਹੈਗੇ ਆ। ਡੇਵਿਡ ਬਲਡਾਓ ਉਹਨਾਂ ਦਾ ਅਜੇ ਸੇਮ ਹੀ ਆ, ਉਹ ਅਪਡੇਟ ਨਹੀਂ ਹੋਇਆ। ਜਿੱਦਾਂ ਮੈਂ ਪਿੱਛੇ ਦੱਸਿਆ ਸੀ 31.4% ਕਾਊਂਟ ਹੋਈਆਂ ਆ ਤੇ ਉਹ 38,424 ਉਹਨਾਂ ਕੋਲ ਆ। ਰੂਡੀ ਸਾਲਸ ਕੋ 32,938 ਹੈਗੀਆਂ। ਜੀ ਬਿਲਕੁਲ। ਤੇ ਇਸੇ ਤਰੀਕੇ ਨਾਲ ਜਿਮ ਕੋਸਟਾ ਤੇ ਮਾਈਕਲ ਮੇਅਰ ਜਿੱਥੇ ਆਪਣਾ ਫ੍ਰੈਸਨੋ ਦਾ ਆਫਿਸ ਆ, ਕੈਲੀਫੋਰਨੀਆ ਦੀ ਡਿਸਟ੍ਰਿਕਟ ਜਿਹੜੀ 21 ਆ, ਇੱਥੇ ਦੀ ਇਹ ਕਾਂਗਰਸ ਦੀ ਸੀਟ ਆ। ਇਸ ਦੇ ਵਿੱਚ ਜਿਮ ਕੋਸਟਾ 46,775 ਤੇ ਮਾਈਕਲ ਮੇਅਰ ਜਿਹੜਾ ਆ ਉਹ 41,536 ਵੋਟਾਂ ਦੇ ਨਾਲ ਦੂਏ ਨੰਬਰ ਦੇ ਉੱਤੇ ਜਿਹੜਾ ਉਹ ਪਿੱਛੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ 5,000 ਵੋਟ ਦਾ ਜਿਹੜਾ ਫਰਕ ਦੇ ਨਾਲ ਜਿਮ ਕੋਸਟਾ ਹਾਲ ਦੀ ਘੜੀ ਜਿਹੜੇ ਉਹ ਅੱਗੇ ਚੱਲ ਰਹੇ ਆ। ਵਿੰਸਫੋਂਗ ਬੇਕਰਸਫੀਲਡ ਵਾਲੇ ਇਲਾਕੇ ਦੇ ਵਿੱਚ ਜਿਹੜੇ ਕੈਵਿਨ ਮਕਾਰਥੀ ਦੀ ਥਾਂ ਤੇ ਆਏ ਸੀ, ਕੈਵਿਨ ਮਕਾਰਥੀ ਨੇ ਜਿਹੜਾ ਉਹ ਛੱਡਿਆ ਸੀਗਾ, ਉਹ ਵਿੰਸਫੋਂਗ ਜਿਹੜੇ ਜੇਤੂ ਜਿਹੜੇ ਉਹ ਘੋਸ਼ਿਤ ਕਰ ਦਿੱਤੇ ਗਏ ਆ। ਕੈਲੀਫੋਰਨੀਆ ਦੀ 20 ਜਿਹੜੀ ਆ ਉਹ ਕਾਂਗਰਸ ਦੀ ਜਿਹੜੀ ਡਿਸਟ੍ਰਿਕਟ ਆ ਉਸ ਤੋਂ 95,235 ਵੋਟ ਉਹਨਾਂ ਨੂੰ ਤੇ ਰਿਪਬਲਿਕਨ ਪਾਰਟੀ ਦੇ ਮਾਈਕਲ ਬਰਡੋ ਟੋਲੈਰੀ ਦੇ ਜਿਹੜੇ ਉਹ ਸ਼ੈਰਿਫ ਰਹੇ ਆ ਉਹ 46,393 ਵੋਟਾਂ ਦੇ ਨਾਲ ਪਿਛੜ ਕੇ ਜਿਹੜੇ ਉਹ ਚੱਲ ਰਹੇ ਹੈਗੇ ਆ। ਜੀ ਯੂਟਾ ਦੇ ਜਿਹੜੇ ਇਨਕੰਬੈਂਟ ਰਿਪਬਲਿਕਨ ਗਵਰਨਰ ਆ ਸਪੈਂਸਰ ਜੇ ਕਾਕਸ, ਉਹ ਇੱਕ ਵਾਰੀ ਫੇਰ ਜਿਹੜੇ ਆ ਜਿੱਤ ਗਏ ਆ। ਜੈਚ ਨਾਨ ਇਹ ਆਇਵਾ ਦੇ ਜੋ ਰਿਪਬਲਿਕਨ ਹੈਗੇ ਆ ਕਾਂਗਰਸਮੈਨ, ਉਹ ਆਪਣੀ ਜਿਹੜੀ ਸੀਟ ਆ ਉਹ ਜਿੱਤ ਗਏ ਹੈਗੇ ਆ। ਟਰੰਪ ਉਹਨਾਂ ਨੂੰ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਕਹਿੰਦੇ ਅਲਾਸਕਾ ਉਹਨਾਂ ਦਾ ਪ੍ਰੋਜੈਕਟ ਕੀਤਾ ਜਾ ਰਿਹਾ ਹੈਗਾ ਐਸੋਸੀਏਟਡ ਪ੍ਰੈਸ ਵੱਲੋਂ ਹਜੇ, ਪਰ ਫਾਈਨਲ ਨਹੀਂ ਉਹਨਾਂ ਨੇ ਦੱਸਿਆ ਹੈਗਾ ਕਿਉਂਕਿ ਬਹੁਤ ਘੱਟ ਵੋਟਾਂ ਜਿਹੜੀਆਂ ਆ ਉਹ ਕਾਊਂਟ ਹੋਈਆਂ ਹੈਗੀਆਂ ਆ। ਸੋ ਸੈਨੇਟ ਰਿਪਬਲਿਕਨ ਆਲਰੇਡੀ ਲਿਜਾ ਚੁੱਕੇ ਹੈਗੇ ਆ। ਕਾਂਗਰਸ ਦੇ ਵਿੱਚ ਵੀ ਹਜੇ US ਕਾਂਗਰਸ 'ਚ ਵੀ ਜਿੰਨੇ ਰਿਜ਼ਲਟਸ ਆਏ ਆ ਕਾਫੀ ਅੱਗੇ ਹੈਗੇ ਆ ਰਿਪਬਲਿਕਨਸ। ਤੇ ਬਾਕੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਮੈਨੂੰ ਲੱਗਦਾ ਵੀ ਛੇਤੀ ਹੁਣ ਡਿਸਾਈਡ ਹੋ ਜਾਊਗੀ ਕਿਉਂਕਿ ਸਿਰਫ ਕੁਝ ਕੁ ਸਟੇਟਾਂ ਜਿਹੜੀਆਂ ਆ ਉਹ ਰਹਿ ਗਈਆਂ ਹੈਗੀਆਂ।
ਜੀ ਬਿਲਕੁਲ ਹਰਜੋਤ ਸਿੰਘ ਜੀ, ਤਕਰੀਬਨ ਲੱਗ ਰਿਹਾ ਵੀ ਆਪਾਂ ਉਸ ਪਾਸੇ ਵੱਲ ਨੂੰ ਜਿਹੜਾ ਵੱਧ ਰਹੇ ਹਾਂ। ਐਰੀਜ਼ੋਨਾ ਤੇ ਜਿਹੜਾ ਉਹ ਨਵਾਡਾ ਆ ਉਹ ਵੀ ਹੌਲੀ ਹੌਲੀ ਰਿਪਬਲਿਕਨ ਦੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਐਰੀਜ਼ੋਨਾ ਦੇ ਵਿੱਚ ਵੈਸੇ ਐਰੀਜ਼ੋਨਾ ਇਸ ਟਾਈਮ ਵੀ ਜਿਹੜਾ ਹਰਜੋਤ ਸਿੰਘ ਜੀ ਸਭ ਤੋਂ ਜਿਹੜਾ ਸਖਤ ਮੁਕਾਬਲਾ ਜਿਹੜਾ ਉੱਥੇ ਦੇਖਣ ਨੂੰ ਮਿਲ ਰਿਹਾ ਆ। ਲੈਸ ਦੈਨ 1% ਵੋਟ ਦਾ ਜਿਹੜਾ ਉਸ ਦੇ ਵਿੱਚ ਫਰਕ ਜਿਹੜਾ ਉਹ ਹੈਗਾ ਆ। ਰੋਬਰਟ ਕੈਨੇਡੀ ਜੂਨੀਅਰ ਜਿਹੜੇ ਉਹ ਟਰੰਪ ਉਹਨਾਂ ਦੀ ਵਾਚ ਪਾਰਟੀ ਦੇਖਣ ਦੇ ਲਈ ਉੱਥੇ ਪਹੁੰਚ ਚੁੱਕੇ ਆ। ਨਿਊ ਹੈਮਸ਼ਾਇਰ ਨੂੰ ਜਿਹੜਾ ਆ ਉਹ ਕਮਲਾ ਹੈਰਿਸ ਦੇ ਲਈ ਕਾਲ ਕਰ ਦਿੱਤਾ ਗਿਆ ਹੈਗਾ ਆ। ਤਕਰੀਬਨ 90% ਵੋਟਾਂ ਜਿਹੜੀਆਂ ਉਸ ਦੇ ਵਿੱਚ ਕਾਊਂਟ ਹੋਈਆਂ। ਸੋ ਮੌਜੂਦਾ ਆંકੜਾ 247 ਡੋਨਲਡ ਟਰੰਪ ਤੇ 214 ਕਮਲਾ ਹੈਰਿਸ। ਰੋਬਰਟ ਐਫ ਕੈਨੇਡੀ ਜੂਨੀਅਰ ਜਿਹੜੇ ਇੰਡੀਪੈਂਡੈਂਟ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀਗੇ, ਬਾਅਦ 'ਚ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਇੰਡੋਰਸ ਕਰ ਦਿੱਤਾ। ਉਹ ਟਰੰਪ ਉਹਨਾਂ ਦੀ ਜਿਹੜੀ ਵਾਚ ਪਾਰਟੀ ਆ ਉਹਨੂੰ ਜੁਆਇਨ ਕਰਨ ਜਾ ਰਹੇ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਮੈਨੂੰ ਲੱਗਦਾ ਹੁਣ ਆਪਾਂ ਵੀ ਜਿਹੜਾ ਉਹ ਇਜਾਜ਼ਤ ਲਈਏ। ਬਾਕੀ ਆਪਾਂ ਸਵੇਰ ਨੂੰ ਜਿਹੜਾ ਉਹ ਆਪਣੇ ਜਿਹੜੇ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਜਿਹੜਾ ਉਹ ਅਪਡੇਟ ਜਿਹੜਾ ਉਹ ਕਰਾਂਗੇ ਕੀ ਕੁਛ ਅਖੀਰ ਦੇ ਵਿੱਚ ਜਿਹੜਾ ਹੋ ਰਿਹਾ ਆ, ਕਿਵੇਂ ਜਿਹੜਾ ਉਹ ਹੋਇਆ। ਮੈਂ ਤਾਂ ਕਹਿੰਦਾ ਥੋੜਾ ਜਿਹਾ ਜੇ ਲਾ ਲੈਣੇ ਅੱਧਾ ਪੌਣਾ ਘੰਟਾ। ਚਲੋ ਠੀਕ ਹੈ ਜੀ, ਜਿੱਦਾਂ ਤੁਹਾਡਾ ਹੁਕਮ ਜੀ। ਮੈਨੂੰ ਲੱਗਦਾ ਵੀ ਪੈਂਸਿਲਵੇਨੀਆ ਦੇ ਜਿਹੜੇ ਰਿਜ਼ਲਟ ਆ ਉਹ 91% ਵੋਟਾਂ ਕਾਊਂਟ ਹੋ ਚੁੱਕੀਆਂ ਤੇ 2,25,000 ਵੋਟਾਂ ਦਾ ਫਰਕ ਹੈਗਾ ਆ ਵੀ ਸ਼ਾਇਦ ਛੇਤੀ ਜਿਹੜੀ ਪੈਂਸਿਲਵੇਨੀਆ ਸਟੇਟ ਆ ਉਹ ਵੀ ਟਰੰਪ ਹੋਣਾ ਦੇ ਹੱਕ ਵਿੱਚ ਆ ਜਾਏ, ਸ਼ਾਇਦ ਛੇਤੀ ਡਿਕਲੇਅਰ ਕਰ ਦੇਣ। 91% ਡਿਪੈਂਡ ਕਰਦਾ ਹਰਜੋਤ ਸਿੰਘ ਜੀ ਵੀ ਕਿਹੜੀਆਂ ਵੋਟਸ ਜਿਹੜੀਆਂ ਉਹ ਕਾਊਂਟ ਜਿਹੜੀਆਂ ਕੀਤੀਆਂ ਜਾ ਰਹੀਆਂ। ਜੇ ਤਾਂ ਬੈਲਟ ਅਜੇ ਖੋਲ ਕੇ ਉਹ ਟੈਬੂਲੇਟ ਕਰਕੇ ਜਿਹੜਾ ਉਹਨਾਂ ਨੇ ਕਰਨਾ ਆ, ਫਿਰ ਉਹ ਸਾਰੇ ਮਾਮਲੇ ਦੇ ਵਿੱਚ ਅਜੇ ਟਾਈਮ ਜਿਹੜਾ ਉਹ ਲੱਗਣਾ ਆ। ਜਿਸ ਤਰੀਕੇ ਦੇ ਨਾਲ ਆਪਾਂ ਨੂੰ ਲਾਸਟ ਦੇ ਵਿੱਚ ਜਿਹੜਾ ਉਹ ਲਾਸਟ ਇਲੈਕਸ਼ਨਸ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਜਿਹੜਾ ਉਹ ਮਿਲਿਆ ਸੀਗਾ। ਸੋ ਕੈਲੀਫੋਰਨੀਆ ਦੀਆਂ ਜਿਹੜੀਆਂ ਹੋਰ ਲੋਕਲ ਇਲੈਕਸ਼ਨਸ ਹੈਗੀਆਂ ਉਹ ਵੀ ਜੇ ਆਪਾਂ ਥੋੜ੍ਹੀ ਬਹੁਤੀਆਂ ਸਰੋਤਿਆਂ ਦੇ ਨਾਲ ਸਾਂਝੀਆਂ ਕਰ ਲਈਏ। ਲੋਕਲ ਸਿਟੀ ਦੇ ਵੀ ਬਹੁਤ ਆ, ਬਾਕੀ ਸਰੋਤੇ ਵੀ ਕਾਲ ਕਰ ਸਕਦੇ ਆ ਜੇ ਤੁਹਾਡੇ ਏਰੀਏ ਦੇ ਵਿੱਚ ਮੇਅਰ ਦੀ, ਸਿਟੀ ਕੌਂਸਲ ਦੀ, ਅਸੈਂਬਲੀਮੈਨ ਦੀ ਕਿਸੇ ਦੀ ਤੁਸੀਂ ਸਪੋਰਟ ਕਰਦੇ ਸੀ ਜਾਂ ਤੁਹਾਨੂੰ ਕੁਐਸਚਨ ਹੈਗਾ, ਜ਼ਰੂਰ ਤੁਸੀਂ ਕਾਲ ਕਰ ਲਿਓ ਤੇ ਅਸੀਂ ਕੋਸ਼ਿਸ਼ ਕਰਾਂਗੇ ਜੇ ਉਹਨਾਂ ਨੂੰ ਚੈੱਕ ਕਰਕੇ ਤੁਹਾਡੇ ਨਾਲ ਜਿਹੜੇ ਰਿਜ਼ਲਟਸ ਆ ਉਹ ਸਾਂਝੇ ਕਰ ਸਕੀਏ। ਜੀ ਬਿਲਕੁਲ, ਜੇ ਕਿਸੇ ਨੇ ਕਾਲ ਵੀ ਕਰਨਾ ਨੰਬਰ ਹੈ ਜੀ 408-272-5200 4082725200 ਦੇ ਉੱਤੇ ਜਿਹੜਾ ਉਹ ਤੁਸੀਂ ਕਾਲ ਜਿਹੜਾ ਉਹ ਕਰ ਸਕਦੇ ਹੈਗੇ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਵੋਟਿੰਗ ਦੇ ਵਿੱਚ ਇਸ ਟਾਈਮ ਜਿਹੜੀਆਂ ਸਵਿੰਗ ਸਟੇਟ ਸੀਗੀਆਂ ਉੱਥੇ ਟਰੰਪ ਹੋਣਾ ਦਾ ਜਾਦੂ ਜਿਹੜਾ ਉਹ ਚੱਲਿਆ ਆ। ਇਹ ਕਹਿ ਲਈਏ ਵੀ ਟਰੰਪ ਹੋਣਾ ਦਾ ਜਾਦੂ ਚੱਲਿਆ ਜਾਂ ਐਂਟੀ ਇਨਕੰਬੈਂਸੀ ਆ, ਇਹ ਸਾਰੀਆਂ ਚੀਜ਼ਾਂ ਰਲ ਮਿਲ ਕੇ ਹੀ ਦੋਨੋਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਹੈਗੀਆਂ ਆ। ਐਂਟੀ ਇਨਕੰਬੈਂਸੀ ਇਸ ਵਾਰ ਬਹੁਤ ਵੱਡਾ ਫੈਕਟਰ ਓਵਰਆਲ ਰਿਹਾ ਹੈਗਾ ਆ ਇਸ ਪੂਰੇ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਵੀ ਕੀ ਕੁਛ ਜਿਹੜਾ ਉੱਥੇ ਜਿਹੜਾ ਹੋ ਰਿਹਾ ਆ। ਲੋਕਾਂ ਨੇ ਜਿਹੜਾ ਬਾਈਡਨ ਹੋਣਾ ਦੇ ਕਾਰਜਕਾਲ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਉਹਨਾਂ ਦੇ 4 ਸਾਲ ਦੇ ਕੰਮ ਨੂੰ ਨਕਾਰ ਕੇ ਟਰੰਪ ਹੋਣਾ ਵੱਲ ਨੂੰ ਜਿਹੜਾ ਉਹ ਪਾਸਾ ਜਿਹੜਾ ਉਹ ਪਲਟਾਇਆ। ਜੀ ਬਿਲਕੁਲ। ਸੋ ਅੱਜ ਵੀ ਜਿਹੜੀ ਆ ਹਿਸਟਰੀ ਆ ਉਹ ਬਣਨ ਜਾ ਰਹੀ ਆ। ਦੋਨੋਂ ਪਾਸੇ ਬਣਨੀ ਸੀ। ਜੇ ਕਮਲਾ ਹੈਰਿਸ ਹੋਣੀ ਜਿੱਤਦੇ ਆ ਤੇ ਫਸਟ ਫੀਮੇਲ ਪ੍ਰੈਜ਼ੀਡੈਂਟ USA ਦੇ ਹੋਣੀ ਸੀ। ਜੇ ਟਰੰਪ ਹੋਣੀ ਜਿੱਤਦੇ ਆ ਤੇ ਉਹ ਇੱਕ ਵਾਰੀ ਜਿੱਤ ਕੇ ਦੂਸਰੀ ਵਾਰੀ ਹਾਰ ਗਏ, ਤੀਜੀ ਵਾਰੀ ਫਿਰ ਕੈਂਡੀਡੇਟ ਬਣੇ ਆ ਤੇ ਉਹ ਵੀ ਇੱਕ ਤਰ੍ਹਾਂ ਦੇ ਨਾਲ ਜਿਹੜੀ ਹਿਸਟਰੀ ਆ ਉਹ ਬਣਨੀ ਸੀਗੀ। ਸੋ ਹਜੇ ਜੋ 3-4 ਇਹ ਜਿਹੜੀਆਂ ਸਟੇਟਾਂ ਆ ਪੂਰਾ ਜਿਹੜਾ ਇਸ ਵੇਲੇ ਫਸਮਾ ਮੁਕਾਬਲਾ ਜਿਹੜਾ ਚੱਲ ਰਿਹਾ ਹੈਗਾ। ਤੇ ਦੂਸਰੇ ਪਾਸੇ ਮੈਂ ਬਾਰਡਰ ਦੇ ਉੱਤੇ ਵੀ ਦੇਖ ਰਿਹਾ ਸੀ ਜਿਹੜੀ ਨਿਊਜ਼ ਆ ਰਹੀ ਆ ਵੀ ਲਾਈਨਾਂ ਲੱਗੀਆਂ ਹੋਈਆਂ ਕਈਆਂ ਦੀਆਂ ਉਹ ਇੱਧਰ ਨੂੰ ਜਿਹੜੇ ਪਹੁੰਚ ਰਹੇ ਹੈਗੇ ਆ। ਕਹਿੰਦੇ ਪਈ ਰਿਪਬਲਿਕਨਸ ਰੀਟੇਕ ਕੰਟਰੋਲ ਆਫ US ਸੈਨੇਟ ਆਫਟਰ ਡੈਮੋਕ੍ਰੇਟਸ ਲੂਜ਼ ਮੈਜੋਰਿਟੀ। ਰਿਪਬਲਿਕਨਸ ਨੇ ਸੈਨੇਟ ਦੀ ਜਿਹੜੀ ਆ ਕੰਟਰੋਲ ਉਹ 51 ਜਿਹੜੀਆਂ ਜੀ ਸੈਨੇਟਰਸ ਉਹਨਾਂ ਦੇ ਹੋ ਗਏ ਆ। ਸੋ ਇੱਕ ਚੀਜ਼ ਪਰ ਜਿਹੜੀ ਇਸ ਦੇ ਵਿੱਚ ਨਾਲ ਹੁੰਦੀ ਆ, ਨੋ ਡਾਊਟ ਉਹਨਾਂ ਦੇ ਕੋਲ ਮੈਜੋਰਿਟੀ ਜਿਹੜੀ ਉਹ ਆ ਗਈ ਆ, ਪਰ ਸੈਨੇਟ ਦੇ ਵਿੱਚ ਮੋਸਟਲੀ ਜਿੰਨੇ ਵੀ ਬਿੱਲ ਪਾਸ ਹੋਣ ਦੇ ਲਈ ਮੋਸਟ ਆਫ ਦਾ ਟਾਈਮ
60 ਜਿਹੜੀਆਂ ਆ ਉਹ ਵੋਟਾਂ ਜਿਹੜੀਆਂ ਉਹ ਚਾਹੀਦੀਆਂ ਹੈਗੀਆਂ ਆ। ਸੋ ਇਹ ਚੀਜ਼ ਜਿਹੜੀ ਆ ਉਹ ਦੇਖਣ ਨੂੰ ਜਿਹੜੀ ਉਹ ਹੋਊਗੀ ਵੀ ਜਿਹੜਾ ਟਰੰਪ ਹੋਣਾ ਦਾ ਹਰਜੋਤ ਸਿੰਘ ਜੀ ਪਹਿਲਾ ਕਾਰਜਕਾਲ ਸੀਗਾ, ਉਹਦੇ ਪਹਿਲੇ 2 ਸਾਲ ਦੇ ਵਿੱਚ ਇਹਨਾਂ ਦੇ ਕੋਲ ਤਿੰਨੇ ਹੀ ਜਿਹੜੇ ਉਹ ਸੀਗੇ, ਹਾਊਸ ਦੇ ਵਿੱਚ ਮੈਜੋਰਟੀ ਵੀ ਸੀਗੀ, ਉਸ ਦੇ ਨਾਲ ਸੈਨੇਟ 'ਚ ਵੀ ਮੈਜੋਰਟੀ ਸੀਗੀ, ਤੇ ਆਪ ਇਹ ਜਿਹੜੇ ਉਹ ਰਾਸ਼ਟਰਪਤੀ ਸੀਗੇ। ਪਰ ਫਿਰ ਵੀ ਉਸ ਟਾਈਮ ਦੇ ਉੱਤੇ ਕੋਈ ਇੱਦਾਂ ਦੀ ਜਿਹੜੀਆਂ ਚੀਜ਼ਾਂ ਕਹਿੰਦੇ ਆ ਉਹ ਉਨੀਆਂ ਚੀਜ਼ਾਂ ਕਰ ਨਹੀਂ ਸਕੇ। ਸੋ ਇਸ ਵਾਰ ਕੀ ਵੱਖਰਾ ਹੋਊਗਾ, ਇਹ ਜਿਹੜਾ ਜ਼ਰੂਰ ਦੇਖਣ ਵਾਲੀ ਜਿਹੜੀ ਗੱਲ ਆ ਉਹ ਰਹੇਗੀ। ਆਪਣੇ ਅਗਲੇ ਜਿਹੜੇ ਕੁਝ ਕਾਲਰ ਆ ਉਹ ਨਾਲ ਜੁੜੇ ਆ, ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਆ। ਜੁੜੇ ਨੇ ਜੀ ਵਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਮੈਂ ਸਤਿ ਸ਼੍ਰੀ ਅਕਾਲ ਜੀ। ਦੇਖਦਾ ਫੌਕਸ ਨਿਊਜ਼ ਦੇਖਦਾ, ਮੈਂ ਬੈਠਾ ਘਰ, ਤੁਹਾਡਾ ਰੇਡੀਓ ਵੀ ਨਾਲ ਦੀ ਨਾਲ ਸੁਣਦਾ। ਠੀਕ ਹੈ ਜੀ। ਦੋਈ ਚੀਜ਼ਾਂ ਚੱਲਦੀਆਂ ਨਾਲ ਦੀ ਨਾਲ ਇਹ। ਹਾਂਜੀ, ਤੇ ਮੈਂ ਉਹ ਇਹ ਦੱਸ ਰਹੇ ਆ ਫੌਕਸ ਵਾਲੇ ਤਾਂ ਪੈਨਸਿਲਵੇਨੀਆ ਤੋਂ ਬੈਨ ਕਰ ਗਿਆ ਟਰੰਪ। ਠੀਕ ਹੈ ਜੀ। ਸੋ ਉਹਨਾਂ ਨੇ ਜਿਹੜਾ ਉਹ ਕਰ ਦਿੱਤਾ ਹੈ 267 ਇਹਨਾਂ ਦੀਆਂ, 267 ਟਰੰਪ ਦੀਆਂ ਤੇ 216 ਜਿਹੜੀਆਂ ਕਮਲਾ ਹੈਰਿਸ ਦੀਆਂ। ਹਾਂਜੀ ਹਾਂਜੀ ਹਾਂਜੀ, ਆਲਮੋਸਟ ਜੋ ਅਲਾਸਕਾ ਜਿਹੜਾ ਤੁਸੀਂ ਕਹਿੰਦੇ ਆ 3 ਆ, ਤਾਂ ਉਹ ਜੇ 3 ਜਿੱਤਦੇ ਆ ਤਾਂ ਫਿਰ ਜਿੱਤ ਗਏ। ਹਾਂਜੀ, ਉਹ ਮਿਲਦਾ ਉਹਨਾਂ ਨੇ ਅਲਾਸਕਾ ਦੀਆਂ ਵੀ 3 ਨਹੀਂ ਅਜੇ ਦਿੱਤੀਆਂ ਨਹੀਂ ਉਹਨਾਂ ਨੇ ਕਿਸੇ ਨੂੰ। ਹਾਂ ਦਿੱਤੀਆਂ ਨਹੀਂ ਹਾਲੇ, ਪਰ ਉਹ ਲੀਡ ਕਾਫੀ ਕਰਨ ਡਏ ਉੱਥੇ। ਹਾਂਜੀ ਹਾਂ ਹਾਂਜੀ, ਮਿਸ਼ੀਗਨ, ਵਿਸਕੌਨਸਨ, ਐਰੀਜ਼ੋਨਾ, ਨਵਾਡਾ, 4 'ਚ ਟਰੰਪ ਲੀਡ ਤੇ ਆ। ਹਾਂਜੀ ਹਾਂਜੀ, ਤੁਸੀਂ ਲਾ ਲਓ ਅੱਧਾ ਘੰਟਾ, ਕੋਈ ਗੱਲ ਨਹੀਂ, ਮੈਂ ਸੈਕਰਾਮੈਂਟੋ ਤੋਂ ਚਾਹ ਭੇਜ ਦੇਣਾ। ਠੀਕ ਹੈ ਜੀ, ਮਿਹਰਬਾਨੀ, ਸ਼ੁਕਰੀਆ ਜੀ। ਸ਼ਾਇਦ ਬਾਹਰ ਬੈਠਿਆਂ ਨੂੰ ਵੀ ਕਿਤੇ ਸੁਣ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ। ਹਾਂਜੀ ਹਾਂਜੀ ਹਾਂਜੀ, ਮੈਂ 2 ਹੀ ਕੰਮ ਚੱਲਦੇ, ਤੁਹਾਡਾ ਰੇਡੀਓ ਵੀ ਨਾਲ ਨਾਲ ਕਰਨ ਲਾਇਆ, ਟੀਵੀ ਵੀ ਚੱਲਦਾ ਨਾਲ। ਚਲੋ ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ ਵਧੀਆ ਜੀ ਪ੍ਰੋਗਰਾਮ, ਥੈਂਕ ਯੂ, ਤੁਹਾਡਾ ਬਹੁਤ ਜ਼ਿਆਦਾ ਨੌਲੇਜ ਹੋ ਰਹੀ ਆ। ਓਕੇ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸੋ ਯੂਜ਼ਲੀ ਜਿਹੜੇ ਨਵਾਡਾ ਸਟੇਟ ਆ ਉੱਥੇ ਜਿਹੜੀਆਂ ਪੋਲਸ ਆ ਉਹ 3 ਘੰਟੇ ਲੇਟ ਖੁੱਲਦੀਆਂ ਹੈਗੀਆਂ ਆ। ਪਹਿਲਾਂ 7 ਵਜੇ ਕਲੋਜ਼ ਹੁੰਦੀਆਂ, 7 ਵਜੇ ਕਲੋਜ਼ ਹੋਣੀਆਂ ਸੀਆਂ, ਤੇ ਸਟੇਟ ਲਾ ਅਲਾਓ ਕਰਦਾ ਵੀ ਜਿਹੜਾ ਵੀ ਕੋਈ ਟਾਈਮ ਦੇ ਵਿੱਚ ਹੋਵੇ ਲਾਈਨ 'ਚ ਉਹਨੂੰ ਸੁਣਨਾ ਹੀ ਸੁਣਨਾ ਆ, ਉਹਦੀ ਵੋਟ ਪਾਊਗਾ। ਸੋ ਉਹਨਾਂ ਦੇ ਜਿਹੜੇ ਰਿਜ਼ਲਟ ਆ 10 ਵਜੇ ਆਣੇ ਜਿਹੜੇ ਸ਼ੁਰੂ ਹੋਏ ਸੀ। ਜਿਹੜੇ ਮੇਲ ਇਨ ਬੈਲਟ ਆ ਉਹਨਾਂ ਨੂੰ ਐਕਸੈਪਟ ਕੀਤਾ ਜਾਂਦਾ ਤੇ ਕਾਊਂਟ ਕੀਤਾ ਜਾਊਗਾ ਅੰਟਲ ਸੈਚਰਡੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਵੀ ਵੋਟ ਹੁੰਦੇ ਹੈਗੇ। ਜਿਨ੍ਹਾਂ ਨੇ ਜਿਹੜਾ ਹਰਜੋਤ ਸਿੰਘ ਜੀ ਖਾਸ ਕਰਕੇ ਆਪਾਂ ਕਹਾਂਗੇ ਵੀ ਅੱਜ ਮੰਨ ਲਓ ਕਿਸੇ ਨੇ ਮੇਲ ਇਨ ਬੈਲਟ ਕੀਤਾ ਆ ਤਾਂ ਉਹਨਾਂ ਦਾ ਹੋ ਸਕਦਾ ਵੀ ਕੱਲ ਪਹੁੰਚਦਾ, ਪਰਸੋਂ ਪਹੁੰਚਦਾ, ਜਦੋਂ ਤੱਕ ਵੀ ਅੱਜ ਦੀ ਡੇਟ ਵਾਲਾ ਮਾਰਕਡ ਬੈਲਟ ਉਹਨਾਂ ਨੂੰ ਮਿਲਦਾ ਆ ਤਾਂ ਵਿੱਚ ਜਿਹੜਾ ਉਹ ਕਲੋਜ਼ ਉਹ ਜਿਹੜਾ ਉਹ ਫਿਰ ਕਾਊਂਟ ਹੁੰਦਾ ਆ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਗਗਨ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਗਗਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਿਆਣੇ ਤੋਂ ਬੋਲਣਾ। ਹਾਂਜੀ ਗਗਨ ਜੀ। ਹਾਂਜੀ ਭਾਜੀ, ਮੈਂ ਆਪਣਾ ਤੁਹਾਡਾ ਰੇਡੀਓ ਡੇਲੀ ਸੁਣਨਾ ਜੀ। ਥੈਂਕ ਯੂ ਜੀ। ਬਹੁਤ ਸੇਵਾ ਕਰਦੇ ਮਾਂ ਬੋਲੀ ਪੰਜਾਬੀ ਦੀ ਆਪਣਾ ਜੀ। ਥੈਂਕ ਯੂ ਜੀ। ਤੇ ਭਾਜੀ ਮੈਂ ਨਾ ਸੇਵਾ ਕਰਨਾ ਚਾਹੁੰਦਾ $500 ਦੀ। ਠੀਕ ਹੈ ਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਕੋਈ ਨਹੀਂ, ਤੁਹਾਡਾ ਨੰਬਰ ਨੋਟ ਕਰ ਲੈਂਦੇ ਆ। ਤੇ ਕਿਵੇਂ ਕਰਨੀ ਪੈਗੀ? ਹਾਂਜੀ ਬਾਅਦ ਤੁਸੀਂ ਵਿੱਚ ਆਪਾਂ ਕਾਲ ਕਰ ਲੈਂਦੇ ਆ। ਹਾਂਜੀ, ਉਦਾਂ ਮੈਂ ਨਾਲ ਹੀ ਜਿਹੜਾ ਹਰਜੋਤ ਸਿੰਘ ਦੱਸ ਦਵਾਂ ਵੀ ਜੇ ਕੋਈ ਇਦਾਂ ਡੋਨੇਟ ਵੀ ਕਰਨਾ ਚਾਹੁੰਦਾ ਆ ਉਹ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਡੋਨੇਟ ਵਾਲੇ ਬਟਨ ਦੇ ਉੱਤੇ ਜਾ ਕੇ ਵੀ ਕਰ ਸਕਦੇ ਆ, ਜਾਂ ਜੇ ਕੋਈ ਐਡਰੈਸ ਤੇ ਚੈੱਕ ਕਰਨਾ ਚਾਹੁੰਦਾ ਆ ਉਹ ਵੀ ਕਰ ਸਕਦੇ ਹੁੰਦੇ ਆ। ਤੇ ਨਾਲ ਦੇ ਨਾਲ ਜੇ ਕਿਸੇ ਨੇ ਕਾਰਡ ਦੀ ਆਪਣੀ ਇਨਫੋਰਮੇਸ਼ਨ ਲਿਖਾਉਣੀ ਆ ਉਹ ਤੁਸੀਂ ਸਾਡੇ ਜਿਹੜੇ ਬਾਅਦ ਦੇ ਵਿੱਚ ਜਿਹੜਾ ਉਹ ਕਾਲ ਕਰਕੇ ਜਿਹੜਾ ਉਹ ਵੀ ਤੁਸੀਂ ਲਿਖਾ ਜਾਂ ਨੰਬਰ ਨੋਟ ਕਰ ਲਿਓ, ਬਾਅਦ ਚ ਕਾਲ ਕਰ ਲਾਂਗੇ। ਹਾਂਜੀ, ਧੰਨਵਾਦ ਜੀ, ਬਹੁਤ ਥੈਂਕ ਯੂ ਗਗਨ ਜੀ, ਬੜੀ ਮਿਹਰਬਾਨੀ ਜੀ, ਹੌਸਲਾ ਅਫਜ਼ਾਈ ਦੇ ਲਈ ਬਹੁਤ ਸ਼ੁਕਰੀਆ ਜੀ। ਤੁਸੀਂ ਇੰਨੀ ਮਿਹਨਤ ਕਰਦੇ ਪਏ ਹੋ, ਬਹੁਤ ਬਹੁਤ ਥੈਂਕ ਯੂ। ਥੈਂਕ ਯੂ, ਸ਼ੁਕਰੀਆ ਜੀ, ਧੰਨਵਾਦ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਲੋਕਲ ਲੈਵਲ ਦੇ ਉੱਤੇ ਰਾਜਕਨਵੀਰ ਸਿੰਘ ਜੀ, ਸਿਲਮਾ ਯੂਨੀਫਾਈਡ ਸਕੂਲ ਡਿਸਟ੍ਰਿਕਟਸ ਉੱਥੇ ਨਿਕ ਸੋਤਾ ਜੀ ਜਿਹੜੇ ਆ ਉਹ 63.76% ਵੋਟਾਂ ਦੇ ਨਾਲ ਅੱਗੇ ਹੈਗੇ ਆ ਜੋਲਾਂਡਾ ਟੋਰੇਜ਼ ਤੋਂ। ਸੋ ਉਹਨਾਂ ਨੂੰ 373 ਵੋਟਾਂ ਪਈਆਂ, ਜੋਲਾਂਡਾ ਟੋਰੇਜ਼ ਨੂੰ 211। ਨਿਕ ਸੋਤਾ ਉਹਨਾਂ ਨੇ ਪਿੱਛੇ ਜਿਹਾ ਤੁਹਾਨੂੰ ਦੱਸਿਆ ਸੀ ਵੀ ਉਹਨਾਂ ਨੇ ਜੋ ਪੰਜਾਬੀ ਆ ਉਹ ਸ਼ੁਰੂ ਕਰਾਈ ਆ ਸਿਲਮਾ ਯੂਨੀਫਾਈਡ ਸਕੂਲ ਡਿਸਟ੍ਰਿਕਟ 'ਚ। ਇਸੇ ਤਰ੍ਹਾਂ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਜਿਹੜਾ ਫ੍ਰਿਜ਼ਨੋ ਆ ਉੱਥੇ ਜਸਪ੍ਰੀਤ ਸਿੱਧੂ ਹੁਣੀ ਉਹ ਵਿਨਰ ਲੱਗਦੇ ਆ, ਉਹਨਾਂ ਕੋਲ 900 ਵੋਟਾਂ ਆ ਤੇ ਰਿਚਰਡ ਸੋਲਿਸ ਦੇ ਕੋਲ 393 ਦੇ ਕਰੀਬ ਜਿਹੜੀਆਂ ਵੋਟਸ ਆ ਉਹ ਹੈਗੀਆਂ ਜੀ। ਬਿਲਕੁਲ, ਤੇ ਬਾਕੀ ਧੰਨਵਾਦ ਜਿਹੜੇ ਇਸ ਤਰੀਕੇ ਦੇ ਨਾਲ ਸਪਾਂਸਰ ਕਰ ਰਹੇ ਪ੍ਰੋਗਰਾਮ ਨੂੰ, ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਪਲਵਿੰਦਰ ਜੀ। ਹਾਂਜੀ ਪਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਹੋਰ ਸੁਣਾਓ ਵੀਰ ਜੀ, ਕੀ ਹਾਲ ਹੈ ਤੁਹਾਡੇ ਸਾਰਿਆਂ ਦੇ? ਜੀ ਜੀ ਠੀਕ ਹੈ ਜੀ। ਠੀਕ ਹੈ ਜੀ ਵੀਰ ਜੀ, ਮੇਰਾ ਸਵਾਲ ਇਹ ਸੀ ਤੁਹਾਡੇ ਤਾਈਂ ਕਿ ਜਿਵੇਂ ਪੰਜਾਬ ਦੇ ਵਿੱਚ ਏਦਾਂ ਹੋ ਰਿਹਾ ਕਿ ਟਰੰਪ ਬਣ ਗਿਆ ਤੇ ਸਰਹੱਦਾਂ ਬੰਦ ਹੋ ਜਾਣਗੀਆਂ, ਡੋਂਕੀ ਲਾ ਕੇ ਆ ਰਹੇ ਨੇ ਜਿਹੜੇ ਉਹ ਨਹੀਂ ਆ ਸਕਦੇ, ਤੇ ਇਹਦੇ ਬਾਰੇ ਜਿਵੇਂ ਲੋਕ ਨੇ ਇਹਦਾ ਚਰਚਾਵਾਂ ਕਰ ਰਹੇ ਨੇ, ਤੇ ਇਹਦੇ ਬਾਰੇ ਜ਼ਰੂਰ ਇਹਨਾਂ ਲੋਕਾਂ ਨੂੰ, ਜੇ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ ਤੇ ਪੰਜਾਬ ਦੇ ਆਪਾਂ ਸੱਚੇ ਵਾਰਸ ਹਾਂ, ਜਿਹੜੇ ਪਿੰਡਾਂ ਦੇ ਪਿੰਡ ਵਿਕਣੇ ਲੱਗੇ ਹੋਏ ਨੇ, ਜਿਵੇਂ ਲੋਕ ਕਿੱਲਿਆਂ ਦੇ ਕਿੱਲੇ ਵੇਚ ਕੇ ਇੱਥੇ ਆ ਰਹੇ ਨੇ, ਖੱਜਲ ਖਵਾਰ ਹੋ ਰਹੇ ਨੇ, ਉਹਨਾਂ ਲੋਕਾਂ ਨੂੰ ਵੀ ਥੋੜ੍ਹਾ ਸੁਚੇਤ ਨਾਲ ਦੀ ਨਾਲ ਕਰੋ, ਕਿਉਂਕਿ ਜਿਵੇਂ ਸਰਕਾਰਾਂ ਇੱਥੇ ਸਖਤ ਆ ਰਹੀਆਂ ਨੇ, ਜਿਵੇਂ ਰੂਲ ਰੈਗੂਲੇਸ਼ਨ ਚੇਂਜ ਹੋ ਰਹੇ ਨੇ, ਜਿਹੜੇ ਉੱਥੋਂ ਪਿੰਡਾਂ ਤੋਂ ਚਾਲੇ ਪਾ ਰਹੇ ਨੇ, ਉਹਨਾਂ ਲੋਕਾਂ ਦੀ ਜ਼ਰੂਰ ਇੱਕ ਬੇਨਤੀ ਜ਼ਰੂਰ ਕਰਿਓ, ਕਿਉਂਕਿ ਲੋਕ ਬਹੁਤ ਖੱਜਲ ਖੁਆਰੀ ਦੇ ਵਿੱਚ ਅਸੀਂ ਗੁਰਦੁਆਰਿਆਂ ਵਿੱਚ ਇੱਥੇ ਦੇਖਦੇ ਹਾਂ ਤੇ ਬਹੁਤ ਜ਼ਿਆਦਾ ਮਾੜੀ ਹਾਲਤ ਹੈ। ਇਹ ਬੇਨਤੀ ਪੰਜਾਬ ਦੇ ਵਾਸੀਆਂ ਨੂੰ ਜ਼ਰੂਰ ਕਰਿਓ, ਕਿਉਂਕਿ ਤੁਹਾਡਾ ਚੈਨਲ ਦੁਨੀਆ ਦੇ ਕੋਨੇ-ਕੋਨੇ ਵਿੱਚ ਇਹ ਆਵਾਜ਼ ਜਾ ਰਹੀ ਹੈ ਜੀ। ਠੀਕ ਹੈ ਪਲਵਿੰਦਰ ਜੀ, ਥੈਂਕ ਯੂ। ਧੰਨਵਾਦ। ਬਿਲਕੁਲ, ਇਹ ਤਾਂ 100% ਸ਼ੋਰ ਆ ਵੀ ਜੇ ਟਰੰਪ ਹੁਣੀ ਆਉਂਦੇ ਆ, ਬਾਰਡਰ ਤਾਂ ਪੂਰੀ ਤਰ੍ਹਾਂ ਕਲੋਜ਼ ਹੋਊਗਾ ਹੀ ਹੋਊਗਾ। ਇਹ ਤਾਂ ਚਾਹੇ ਕਮਲਾ ਹੈਰਿਸ ਵੀ ਆਉਂਦੇ, ਕਿਉਂਕਿ ਨਹੀਂ ਉਹਨਾਂ ਨੇ ਕੀਤਾ ਹੀ ਸੀਗਾ, ਬਿਲਕੁਲ ਉਹ ਵੀ ਬਹੁਤ ਵੱਡਾ ਚੈਲੰਜ ਸੀ ਜੀ। ਜੀ ਉਹਨਾਂ ਨੇ ਆਲਰੇਡੀ ਸਖਤੀ ਕਰੀ ਦਿੱਤੀ ਸੀ, ਆਪਾਂ ਦੇਖਿਆ ਹੀ ਆ। ਹਾਂ ਆ ਵੀ ਟਰੰਪ ਦਾ ਨਾਂ ਚੱਲਦਾ, ਉਹਦੇ ਡੰਡੇ ਦਾ ਡਰ ਵਾਲਾ ਜਿਹੜਾ ਕਹਿ ਲਓ ਵੀ ਉਹ ਚੀਜ਼ ਜਿਹੜੀ ਉਹ ਥੋੜੀ ਜ਼ਿਆਦਾ ਹੈਗੀ ਆ। ਉਹ ਪਹਿਲੋਂ ਵੀ ਲੋਕੀ ਜਾਣਦੇ ਆ ਵੀ ਉਸ ਟਾਈਮ ਦੇ ਉੱਤੇ ਕਿਸ ਤਰੀਕੇ ਦੇ ਨਾਲ ਸੁੰਨ ਜਿਹੜੀ ਉਹ ਛਾਈ ਸੀ, ਤੇ ਬਾਅਦ ਦੇ ਵਿੱਚ ਜਦ ਜੋ ਬਾਈਡਨ ਜਿੱਤੇ ਸੀ ਤੇ ਕਾਰਵਾਂ ਕਿੱਦਾਂ ਜਿਹੜੇ ਉਹ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਆਏ ਸੀਗੇ, ਆਪਾਂ ਸਾਰਾ ਕੁਝ ਜਿਹੜਾ ਉਹ ਦੇਖਿਆ ਹੈਗਾ ਆ। ਬਾਕੀ ਭਾਈ ਸਾਹਿਬ ਇਦਾਂ ਆ ਵੀ ਜੇ ਆਪਾਂ ਇੱਥੇ ਅਮਰੀਕਾ 'ਚ ਕਿਸੇ ਨੂੰ ਆਪਾਂ ਆਉਣ ਤੋਂ ਨਾ ਨਹੀਂ ਕਰ ਸਕਦੇ, ਕਿਸੇ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਭਾਈ ਤੂੰ ਨਾ ਆਈ ਇੱਥੇ, ਇਦਾਂ ਦੇ ਜਿਹੜੇ ਹਾਲਾਤ ਆ ਹਰ ਇੱਕ ਨੇ ਕਹਿਣਾ ਵੀ ਇਹ ਇਲੀਗਲੀ ਕੋਈ ਵੀ ਬੰਦਾ ਕਿਸੇ ਦੀ ਸਪੋਰਟ ਕਰਦਾ ਬਾਰਡਰ ਰਾਹੀਂ ਆਉਣ ਦੀ, ਤੇ ਉਹ ਇੱਕ ਬਹੁਤ ਵੱਡਾ ਜਿਹੜਾ ਕ੍ਰਾਈਮ ਆ। ਹਿਊਮਨ ਸਮਗਲਿੰਗ, ਹਿਊਮਨ ਟ੍ਰੈਫਿਕਿੰਗ ਦਾ ਜਿਹੜਾ ਆ, ਜਿੰਨੇ ਆਉਣਾ ਜੀ ਉਹਨੂੰ ਨਾ ਤੁਸੀਂ ਰੋਕ ਸਕਦੇ, ਨਾ ਮੈਂ ਰੋਕ ਸਕਦਾ, ਨਾ ਉਹਨੂੰ ਟਰੰਪ ਨੇ ਰੋਕਣਾ ਤੇ ਨਾ ਉਹਨੂੰ ਕਮਲਾ ਹੈਰਿਸ ਨੇ ਜਿਹੜਾ ਉਹ ਰੋਕ ਲੈਣਾ। ਜਿਹਨੇ ਮਨ ਬਣਾਇਆ ਉਹਨੇ ਉਹ ਚੀਜ਼ ਕਰੀ ਜਾਣੀ ਆ, ਉਹਨੇ ਦੇਖਣਾ ਹੀ, ਉਹਨੇ ਦਾ ਜਿਹੜਾ ਉਹ ਲਾਉਣਾ ਹੀ ਲਾਉਣਾ ਹੁੰਦਾ ਆ। ਸੋ ਭਾਈ ਆਪਾਂ ਤਾਂ ਇਹੀ ਕਹਿੰਦੇ ਵੀ ਆਪਣੀ ਜਾਨ ਦੀ ਕੀਮਤ ਨੂੰ ਦੇਖ ਕੇ ਜਿਹੜਾ ਆ ਕੋਈ ਵੀ ਚੀਜ਼ ਜਿਹੜੀ ਉਹ ਕਰਨੀ ਆ। ਇਲੀਗਲੀ ਕ੍ਰਾਸ ਕਰਨ ਨੂੰ ਤੁਹਾਨੂੰ ਅਸੀਂ ਕੋਈ ਨਹੀਂ ਕਹਿੰਦੇ। ਜੇ ਤੁਸੀਂ ਬਾਰਡਰ ਤਾਈਂ ਪਹੁੰਚ ਜਾਂਦੇ ਆ ਤਾਂ ਅਸਾਈਲਮ ਦੀ ਮੰਗ ਜਿਹੜੀ ਉਹ ਤੁਸੀਂ ਉੱਥੇ ਬਾਰਡਰ ਤੇ ਵੀ ਜਿਹੜੀ ਉਹ ਨਾਲ ਦੇ ਨਾਲ ਕਰ ਸਕਦੇ ਆ। ਕਿੱਦਾਂ ਦੇ ਹਾਲਾਤ ਹੋਣਗੇ, ਕੀ ਉਹਦੇ ਵਿੱਚ ਜਿਹੜਾ ਉਹ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਬਾਕੀ ਜਿਹੜੀ ਇਹ ਚਰਚਾ ਹੁਣ ਚੱਲੀ ਹੈ, ਇਹ ਹੁਣ ਦੀ ਨਹੀਂ, ਆਪਾਂ ਜਿਹੜਾ ਹੁਣ ਮੌਜੂਦਾ ਬਾਈਡਨ ਪ੍ਰਸ਼ਾਸਨ ਦੇ ਵਿੱਚ ਵੀ ਉਹਨਾਂ ਨੇ 100% ਜਿਹੜਾ ਉਹ ਰੋਕਣ ਵਾਲਾ ਕੰਮ ਹੀ ਕੀਤਾ ਹੋਇਆ ਆ। ਜਿਸ ਤਰੀਕੇ ਦੇ ਨਾਲ ਪਹਿਲਾਂ ਨਾ ਕੋਈ ਬਿਆਨ ਨਾ ਕੋਈ ਕੁਛ, ਉਸ ਤਰੀਕੇ ਦੇ ਨਾਲ ਸਾਰੇ ਜਣੇ ਆ ਜਾਂਦੇ ਸੀਗੇ, ਜਿੱਦਾਂ ਕਹਿੰਦੇ ਵੀ ਮੌਜਾਂ ਲੱਗੀਆਂ ਸੀਗੀਆਂ, ਉਹ ਚੀਜ਼ਾਂ ਤਾਂ ਇਹਨਾਂ ਨੇ ਵੀ ਘਟਾਤੀਆਂ। ਤੇ ਉਹਨੇ ਆਉਂਦਿਆਂ ਨੂੰ ਤੇ ਇਹ ਵੀ ਕਿਹਾ ਆ ਜਿੰਨੇ ਇਲੀਗਲ ਆ ਉਹਨਾਂ ਨੂੰ 11 ਮਿਲੀਅਨ ਲੋਕਾਂ ਨੂੰ ਕਹਿੰਦਾ ਮੈਂ ਤਾਂ ਡਿਪੋਰਟ ਕਰਨਾ। ਸੋ ਇਹ ਵੀ ਹੁਣ ਜਿਹੜਾ ਉਹ ਸਾਰੇ ਜਣੇ ਨੇ ਉਹਨਾਂ ਨੂੰ ਵੀ ਜਿਹੜਾ ਉਹ ਦੇਖਣਾ ਪੈਣਾ ਆ ਵੀ ਕਿਸ ਤਰੀਕੇ ਦੇ ਨਾਲ ਕਿਵੇਂ ਹੋਊਗਾ, ਕਿੱਦਾਂ ਹੋਊਗਾ, ਕੀ ਵਾਕਿਆ ਟਰੰਪ ਦੇ ਕੋਲ ਅਜਿਹੀ ਪਾਵਰ ਆ ਵੀ ਉਹ ਸਾਰੀਆਂ ਚੀਜ਼ਾਂ ਇਦਾਂ ਡਿਪੋਰਟ ਜਿਹੜਾ ਉਹ ਕਰ ਸਕਣਗੇ, ਕਿਉਂਕਿ ਇਹਦੇ ਰਫੜ ਪੈਣੇ ਆ, ਇਹਦੇ ਅਦਾਲਤਾਂ 'ਚ ਕੇਸ ਜਾਣੇ, ਹੋਰ ਬਹੁਤ ਕੁਝ ਜਿਹੜਾ ਉਸ ਦੇ ਵਿੱਚ ਨਾਲ ਦੇ ਨਾਲ ਜਿਹੜਾ ਉਹ ਹੋਣਾ ਆ। ਪਵਿੱਤਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਪਵਿੱਤਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਪਹਿਲਾਂ ਤਾਂ ਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ, ਤੁਸੀਂ ਪ੍ਰੋਗਰਾਮ ਚਲਾਇਆ ਹੋਇਆ ਅੱਜ, ਤੇ ਅਸੀਂ ਦੇਖ ਰਹੇ ਹਾਂ ਪ੍ਰੋਗਰਾਮ ਤੁਹਾਡਾ। ਤੇ ਤੁਸੀਂ ਪਹਿਲਾਂ ਬੰਦ ਕਰਨ ਦੀ ਗੱਲ ਕੀਤੀ ਸੀ ਤਾਂ ਅੰਕਲ ਜੀ ਨੇ ਕਿਹਾ ਵੀ ਹਾਂ ਵੀ ਚੱਲਣ ਦਿਓ, ਹਜੇ ਤੁਸੀਂ ਚੱਲਣ ਦਿਓ ਪ੍ਰੋਗਰਾਮ, ਅਸੀਂ ਬੜੀ ਨਿੱਘਤਾ ਦੇ ਨਾਲ ਦੇਖ ਰਹੇ ਹਾਂ ਜੀ। ਸਾਰੇ ਪ੍ਰੋਗਰਾਮ ਤੇ ਜੀ, ਸਾਰੇ ਪ੍ਰੋਗਰਾਮ ਤੁਹਾਡੇ ਦੇਖੀਦੇ ਆ। ਤੇ ਹਜੇ ਚਲੋ ਆਪਾਂ ਐਲੀਜੀਬਲ ਨਹੀਂ ਹੈਗੇ ਵੋਟ ਪਾਉਣ ਲਈ, ਤੇ ਪਰ ਆਪਣਾ ਇੱਥੇ ਦੀ ਵੀ ਸਿਆਸਤ ਦੇ ਵਿੱਚ ਪੂਰਾ ਇੰਟਰਸਟ ਆ। ਇੰਡੀਆ ਵੀ ਸੀਗਾ ਤੇ ਇੱਥੇ ਵੀ ਅਸੀਂ ਪੂਰਾ ਇੰਟਰਸਟ ਰੱਖੀਦਾ ਆ। ਤੇ ਸੋ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਵੀ ਅਸੀਂ ਦੇਖ ਰਹੇ ਹਾਂ ਤਾਂ ਨਹੀਂ, ਆਪਾਂ ਕੋਸ਼ਿਸ਼ ਕਰਦੇ ਹਾਂ ਜੇ ਫਾਈਨਲ ਹੁੰਦਾ ਹੈ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਿਹੜੇ ਸਪੋਰਟਰ ਆ ਕਹਿੰਦੇ ਇੱਕ ਦੂਜੇ ਨੂੰ ਜੱਫੀਆਂ ਪਾ ਰਹੇ ਆ, ਇੱਕ ਦੂਜੇ ਦੇ ਉੱਤੇ ਜਿਹੜੀਆਂ ਮਾਰਦੇ ਹੋਣੇ ਅੱਜ ਕਿਤੇ, ਅੱਜ ਮੰਨਦਾ ਅੱਜ ਜਿਹੜਾ ਆਪਣਾ ਉਹ ਨਹੀਂ ਗਾਣੇ ਲਾ ਕੇ ਭਗਵੰਤ ਮਾਨ ਕਰਦਾ ਸੀ ਦੱਬਦਾ ਕਿੱਥੇ ਆ, ਅੱਜ ਤਾਂ ਉਹੀ ਗੱਲ ਹੋਈ ਪਈ ਹੋਣੀ ਉੱਥੇ। ਬਿਲਕੁਲ ਤੇ ਜੰਪ ਕਰ ਰਹੇ ਅਪ ਡਾਊਨ ਤੇ ਮੈਗਾ ਹੈਟਸ ਇੱਕ ਦੂਜੇ ਤੇ ਹਵਾ ਦੇ ਵਿੱਚ ਸਿੱਟ ਰਹੇ ਹੈਗੇ ਆ। ਸੋ ਉਹ ਕਹਿੰਦੇ ਵੀ ਸੈਲੀਬ੍ਰੇਟ ਕਰਕੇ ਹੀ ਜਾਣਾ ਅਸੀਂ ਆ। ਤੇ ਹੋਰ ਬਹੁਤ ਪ੍ਰੋਮੀਨੈਂਟ ਗੈਸਟ ਜਿੱਥੇ ਕਨਵੈਨਸ਼ਨ ਸੈਂਟਰ ਆ ਵੈਸਟ ਪਾਮ ਬੀਚ ਦੇ ਵਿੱਚ, ਉੱਥੇ ਪਹੁੰਚ ਰਹੇ ਆ। ਸੋ ਇੱਥੋਂ ਇਹ ਲੱਗ ਰਿਹਾ ਆ ਵੀ ਕੁਛ ਨਾ ਕੁਛ ਟਰੰਪ ਹੋਣਾ ਦੇ
ਜਿਹੜੇ ਸਪੋਰਟਰਸ ਆ ਨਹੀਂ, ਕੰਧ ਤੇ ਲਿਖਿਆ ਲੱਗ ਪੜ੍ਹ ਰਿਹਾ। ਲਿਆ ਜੀ ਸਾਰਿਆਂ ਨੇ। ਮੁੱਕ ਦੀ ਗੱਲ ਜਿਹੜੀ ਇਹ ਆ, ਕੰਧ ਤੇ ਲਿਖਿਆ ਸਾਰੇ ਜਣੇ ਜਿਹੜੇ ਆ ਉਹ ਪੜ੍ਹ ਲੈਂਦੇ ਆ। ਸੋ ਇਸ ਟਾਈਮ ਜਿਹੜਾ ਉਹ ਉਸ ਪਾਸੇ ਵੱਲ ਨੂੰ ਦੇਖਣ ਨੂੰ ਮਿਲ ਰਿਹਾ ਜੀ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਤੇ ਇੱਕ ਮੈਂ ਮੈਸੇਜ ਵੀ ਦੇਣਾ ਚਾਹੁੰਦਾ ਆ, ਚਾਹੇ ਕਿਸੇ ਦੀ ਇੱਥੇ ਵੋਟ ਬਣੀ ਆ ਚਾਹੇ ਨਹੀਂ ਬਣੀ, ਜਦੋਂ ਤੁਸੀਂ ਜਿਹੜੇ ਦੇਸ਼ 'ਚ ਰਹਿੰਦੇ ਆ ਤਾਂ ਤੁਹਾਡਾ ਇੰਟਰਸਟ ਜ਼ਰੂਰ ਹੋਣਾ ਚਾਹੀਦਾ ਆ। ਸੋ ਜਾਣਕਾਰੀ ਜ਼ਰੂਰ ਰੱਖਣੀ ਚਾਹੀਦੀ ਆ ਜੀ। ਜੀ ਬਿਲਕੁਲ, ਇਹ ਬਿਲਕੁਲ ਤੁਹਾਡਾ ਸਹੀ ਆ ਕੁਐਸਚਨ, ਕਿਉਂਕਿ ਮੈਂ ਪਿਛਲੀਆਂ ਇਲੈਕਸ਼ਨ 'ਚ ਵੀ ਆਪਣੇ ਸਰੋਤਿਆਂ ਨੂੰ ਰਾਜਕਨਵੀਰ ਸਿੰਘ ਜੀ ਦੱਸਿਆ ਸੀ ਭਈ ਇੱਥੇ ਬੇ ਏਰੀਏ 'ਚ ਸੈਨੋ ਦੇ ਏਰੀਏ 'ਚ ਇੱਕ ਵਾਰੀ ਹਾਂਗਕਾਂਗ ਮੂਲ ਦੇ ਕੁਛ ਨਿਆਣਿਆਂ ਨੂੰ ਸਕੂਲ 'ਚ ਪ੍ਰੋਬਲਮ ਪਈ, ਤੇ ਜਦੋਂ ਉਹ ਜਿਹੜੇ ਉੱਥੇ ਦੇ ਇਲੈਕਟਡ ਆਫੀਸ਼ੀਅਲ ਜਿਹੜੇ ਸਕੂਲ ਦੇ ਬੋਰਡ ਮੈਂਬਰ ਉਹਨਾਂ ਕੋਲ ਗਏ, ਉਹ ਕਹਿੰਦੇ ਵੀ ਭਾਈ ਅਸੀਂ ਤੁਹਾਡੀ ਕਿਸ ਬੇਸ ਤੇ ਸਪੋਰਟ ਕਰੀਏ, ਤੁਸੀਂ ਇੱਕ ਵੀ ਹਾਂਗਕਾਂਗ ਵਾਲੇ ਜਿਹੜੇ ਯੂਐਸ ਸਿਟੀਜ਼ਨ ਆ ਵੋਟ ਨਹੀਂ ਪਾਉਂਦੇ ਜਿਹੜੇ ਇੱਥੇ ਰਹਿੰਦੇ ਆ, ਪਰ ਜਦੋਂ ਹਾਂਗਕਾਂਗ 'ਚ ਵੋਟ ਹੁੰਦੀ ਆ ਤੇ ਤੁਸੀਂ $1500 ਲਾ ਕੇ ਉੱਥੇ ਵੋਟ ਪਾਉਣ ਜਾਂਦੇ ਹੈਗੇ ਆ। ਸੋ ਜਦੋਂ ਅਸੀਂ ਪਾਰਟੀਸਪੇਟ ਕਰਦੇ ਆ, ਸੋ ਉਹਨਾਂ ਨੂੰ ਪਤਾ ਹੈ ਆਪੇ ਸਿਸਟਮ 'ਚ ਪਾਰਟੀਸਪੇਟ ਕਰਦੇ, ਫਿਰ ਉਹ ਤੁਹਾਡੀ ਸਪੋਰਟ ਵੀ ਕਰਦੇ ਹੈਗੇ। ਜੀ ਜੀ, ਸਿਸਟਮ ਦੇ ਨਾਲ ਜੁੜੇ ਰਹਿਣਾ ਚਾਹੀਦਾ ਆ। ਤੁਸੀਂ ਜਿੱਥੇ ਰਹਿੰਦੇ ਹੋ ਉਹੀ ਤੁਹਾਡਾ ਦੇਸ਼ ਆ ਮੇਨ ਤਾਂ, ਹਨਾ ਜੀ। ਜੀ ਬਿਲਕੁਲ ਬਿਲਕੁਲ ਜੀ, ਥੈਂਕ ਯੂ ਜੀ। ਬਾਕੀ ਯੂਬਾ ਸਿਟੀ ਗੁਰੂ ਘਰ ਵੀ ਆਪਾਂ ਤੁਹਾਨੂੰ ਮਿਲੇ ਸੀਗੇ, ਸੋ ਬਹੁਤ ਚੰਗਾ ਲੱਗਾ ਉੱਥੇ ਵੀ ਤੁਹਾਨੂੰ ਮਿਲ ਕੇ। ਬਹੁਤ ਤੁਸੀਂ ਮਾਣ ਕਰਦੇ ਆ ਸਾਰਿਆਂ ਦਾ, ਜਿੰਨੇ ਵੀ ਤੁਹਾਨੂੰ ਮਿਲਣ ਆਉਂਦੇ ਆ। ਪਿਛਲੀ ਵਾਰੀ ਵੀ ਮਿਲੇ ਸੀ ਤੁਹਾਨੂੰ, ਐਤਕੀ ਵੀ ਮਿਲ ਕੇ ਬਹੁਤ ਵਧੀਆ ਲੱਗਾ ਜੀ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ। ਤੁਸੀਂ ਇੰਨੀ ਰਾਤ ਤੱਕ ਲੱਗੇ ਹੋਏ ਆ ਤਾਂ ਘੰਟਾ ਖੰਡ ਹੋਰ ਰਿਓ। ਠੀਕ ਆ ਜੀ, ਮਿਹਰਬਾਨੀ ਪੁੱਤਰ ਜੀ। ਚਲੋ ਆਪਾਂ ਸਵੇਰੇ ਕੰਮ ਵੀ ਕਰਨਾ, ਸਵੇਰੇ ਖਬਰਾਂ ਵੀ ਦੇਣੀਆਂ। ਤੁਸੀਂ ਕਹੋ ਵੀ ਆਏ ਨਹੀਂ ਫਿਰ ਸਵੇਰੇ। ਚਲੋ ਥੈਂਕ ਯੂ ਜੀ। ਟਰੱਕ 'ਚ ਬੈਠੇ ਅਸੀਂ, ਟਰੱਕ ਚਲਾਉਣਾ ਸਵੇਰ ਨੂੰ ਉੱਠ ਕੇ, ਕੋਈ ਚੱਕਰ ਨਹੀਂ। ਚਲੋ ਠੀਕ ਹੈ ਜੀ, ਮਿਹਰਬਾਨੀ। ਤਾਂ ਸਾਰੇ ਜਾਣੇ ਜੀ ਰਲ ਮਿਲ ਕੇ ਹੀ ਆ ਜੀ। ਚਲੋ ਥੈਂਕ ਯੂ, ਬਹੁਤ ਸ਼ੁਕਰੀਆ ਜੀ, ਥੈਂਕ ਯੂ, ਧੰਨਵਾਦ। ਸੋ ਫਾਰ ਰਾਜਕਨਵੀਰ ਸਿੰਘ ਜੀ, ਡੋਨਾਲਡ ਟਰੰਪ ਉਹਨਾਂ ਦੇ ਕੋਲ 247 ਇਲੈਕਟੋਰਲ ਵੋਟਸ ਹੈਗੀਆਂ, ਕਮਲਾ ਹੈਰਿਸ ਉਹਨਾਂ ਕੋਲ 214 ਆ, ਤੇ 51 ਸੈਨੇਟਰ ਜੀਓਪੀ ਦੇ, 42 ਜਿਹੜੇ ਡੈਮੋਕ੍ਰੇਟਸ ਦੇ, 186 ਜਿਹੜੇ ਹਾਊਸ ਦੇ ਵਿੱਚ ਰਿਪਬਲਿਕਨ ਤੇ 160 ਜਿਹੜੇ ਡੈਮੋਕ੍ਰੇਟਸ ਦੇ। ਹਾਊਸ ਦੇ ਰਿਜ਼ਲਟ ਆਉਂਦਿਆਂ ਨੂੰ 218 ਦਾ ਜਾਦੂਈ ਆંકੜਾ ਆ ਮੈਜੋਰਟੀ ਦੇ ਲਈ। ਸੋ ਉਹ ਜਿਹੜੀ ਉਹ ਦੇਖਣ ਦੀ ਜਿਹੜੀ ਉਹ ਗੱਲ ਆ। ਸੋ ਇਸ ਟਾਈਮ ਯੂਐਸ ਜਿਹੜਾ ਸ਼ਿਫਟ ਹੋਇਆ ਆ ਰੈੱਡ ਵੱਲ ਨੂੰ, ਰਾਈਟ ਵੱਲ ਨੂੰ 2020 ਦੀਆਂ ਜਿਹੜੀਆਂ ਇਲੈਕਸ਼ਨਸ ਤੋਂ ਬਾਅਦ ਦੇ ਵਿੱਚ ਜੀ। ਅਲਾਸਕਾ, ਐਰੀਜ਼ੋਨਾ 3 ਡਿਸਟ੍ਰਿਕਟ ਮੇਨ ਸਟੇਟ ਦੇ, ਮਿਸ਼ੀਗਨ, ਮਿਨੇਸੋਟਾ, ਨਵਾਡਾ, ਪੈਂਸਿਲਵੇਨੀਆ ਤੇ ਵਿਸਕੌਨਸਨ, ਇਹਨਾਂ ਦੀਆਂ ਜਿਹੜੀਆਂ ਹਜੇ ਇਲੈਕਸ਼ਨ ਰਿਜ਼ਲਟ ਕਾਲ ਕਰਨੇ ਆ, ਫਾਈਨਲ ਹਜੇ ਨਹੀਂ ਡਿਕਲੇਅਰ ਹੋਏ। ਬਹੁਤ ਸਾਰੇ ਸੋਚਦੇ ਹੋਗੇ ਵੀ ਲੈ ਸੱਚਮੁੱਚ ਹੀ ਪ੍ਰੈਜ਼ੀਡੈਂਟ ਟਰੰਪ ਜਿੱਤ ਗਏ ਆ, ਕਮਲਾ ਹੈਰਿਸ ਹੁਣੀ ਹੁਣ ਨਹੀਂ ਜਿਹੜਾ ਰੀਚ ਕਰ ਸਕਦੇ। ਨਹੀਂ, ਐਸੋਸੀਏਟਡ ਪ੍ਰੈਸ ਇਹ ਕਹਿ ਰਿਹਾ ਵੀ ਵਾਈਸ ਪ੍ਰੈਜ਼ੀਡੈਂਟ ਸਟਿਲ ਹੈਜ਼ ਚਾਂਸ, ਜੇ ਉਹ ਨਾਰਦਰਨ ਬੈਟਲ ਗਰਾਊਂਡ ਸਟੇਟਸ ਦੇ ਵਿੱਚੋਂ ਉਹ ਜਿੱਤ ਜਾਂਦੇ ਆ, ਪਰ ਜੇ ਉਹਨਾਂ ਦੇ ਲਈ ਪੈਂਸਿਲਵੇਨੀਆ ਸਟੇਟ ਜਿੱਤਣੀ ਹੁਣ ਬਹੁਤ ਜ਼ਰੂਰੀ ਆ। ਜੇ ਉਹ ਪੈਂਸਿਲਵੇਨੀਆ ਸਟੇਟ ਨਹੀਂ ਜਿੱਤਦੇ ਤੇ ਫਿਰ ਕਮਲਾ ਹੈਰਿਸ ਜਿਹੜੀ ਆ ਉਹ ਇਸ ਰੇਸ ਦੇ ਵਿੱਚੋਂ ਬਾਹਰ ਹੈਗੇ ਜੀ। ਬਿਲਕੁਲ, ਮਿਸ਼ੀਗਨ ਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਜਿੱਦਾਂ ਆਪਾਂ ਪਹਿਲਾਂ ਦੱਸਿਆ 15 ਨੇ, ਵਿਸਕੌਨਸਨ ਦੀਆਂ 10 ਨੇ, ਇਹ 25 ਜਿਹੜੀਆਂ ਬਣਦੀਆਂ ਆ, ਤੇ ਨਾਲ ਜੇ ਤੁਸੀਂ ਲਾ ਲਓ 19 ਹੋਰ ਤਾਂ ਫਿਰ ਉਸ ਹਿਸਾਬ ਦੇ ਨਾਲ ਅੱਗੇ ਜਿਹੜੀਆਂ ਉਹ ਵੱਧ ਜਾਂਦੀਆਂ ਆ। ਸੋ ਬਿਲਕੁਲ ਕਲੋਜ਼ ਜਿਹੜਾ ਉਹ ਮੈਚ ਇਸ ਦੇ ਵਿੱਚ ਹੋ ਸਕਦਾ। ਕੱਲਾ ਉਹੀ ਨਹੀਂ, ਐਰੀਜ਼ੋਨਾ ਤੇ ਨਵਾਡਾ ਚੋਂ ਵੀ ਇਹਨਾਂ ਨੂੰ ਜਿੱਤਣੀਆਂ ਪੈਣੀਆਂ। ਮੁੱਕ ਦੀ ਗੱਲ ਆ ਜੀ, ਪੈਂਸਿਲਵੇਨੀਆ, ਮਿਸ਼ੀਗਨ, ਵਿਸਕੌਨਸਨ, ਐਰੀਜ਼ੋਨਾ ਜਾਂ ਨਵਾਡਾ ਚੋਂ ਇਹਨਾਂ 5 ਦੇ ਵਿੱਚੋਂ ਜੇ 4 ਸਟੇਟਾਂ ਜਿਹੜੀਆਂ ਉਹ ਜਿੱਤਦੇ ਨੇ ਤਾਂ ਹੀ ਗੱਲ ਬਣਦੀ ਆ। ਪਰ ਮਿਸ਼ੀਗਨ, ਵਿਸਕੌਨਸਨ ਤੇ ਪੈਂਸਿਲਵੇਨੀਆ ਜਿੱਤਣੀ ਉਹਨਾਂ ਦੇ ਵਿੱਚੋਂ 4-5 ਚੋਂ ਉਹ ਬਹੁਤ ਲਾਜ਼ਮੀ ਆ ਜੇ ਕਮਲਾ ਹੈਰਿਸ ਚਾਹੁੰਦੀ ਆ ਵੀ ਉਹ ਰਾਸ਼ਟਰਪਤੀ ਜਿਹੜੀ ਉਹ ਬਣੇ। ਪਰ ਮੈਨੂੰ ਲੱਗਦਾ ਇਸ ਵਾਰ ਇਹਨਾਂ ਨੂੰ ਵੀ ਪਤਾ ਵੀ ਵੋਟ ਕਾਊਂਟਸ ਨੂੰ ਲੈ ਕੇ ਪਿਛਲੀ ਵਾਰ ਦੀਆਂ ਇਲੈਕਸ਼ਨ ਦੇ ਨਾਲੋਂ ਇਹਨਾਂ ਨੇ ਤੇਜ਼ੀ ਜਿਹੜੀ ਉਹ ਰੱਖੀ ਹੈਗੀ। ਕੁਝ ਹੋਰ ਕਾਲਰ ਨੇ ਵਧੀਆ ਬਣਾਇਆ, ਇਹਨਾਂ ਨੂੰ ਪਤਾ ਸੀ ਵੀ ਰੌਲਾ ਬਹੁਤ ਪੈਣਾ ਆ। ਵਾਕਈ ਸਹੀ ਗੱਲ ਆ। ਰੌਲਾ ਤਾਂ ਹਰਜੋਤ ਸਿੰਘ ਜੀ ਤਾਂ ਪੈਣਾ ਸੀਗਾ ਜੇ ਟਰੰਪ ਹੁਣੀ ਹਾਰਦੇ। ਹੁਣ ਬਾਕੀ ਜੇ ਉਹ ਜਿੱਤ ਰਹੇ ਆ ਫਿਰ ਨਹੀਂ ਕਿਸੇ ਨੇ ਵੀ ਰੌਲਾ ਪਾਉਣਾ, ਇਹ ਆਪਾਂ ਨੂੰ ਵੀ ਪਤਾ ਆ। ਗੁਰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਹਿੰਦਾ ਨਵਾਡਾ ਦਾ ਤੇ ਅਲਾਸਕਾ ਦਾ ਆ ਗਿਆ, ਬੱਚੇ ਐਡ ਕਰਤੇ ਆ, ਤੁਸੀਂ ਦੱਸਦੇ ਨਹੀਂ। ਨਹੀਂ, ਅਸੀਂ ਦੱਸ ਹਟੇ ਆ ਜੀ, ਉਹ ਚ ਲੀਡ ਕਰ ਰਹੇ, ਕਿਤੇ ਨਹੀਂ ਅਜੇ ਉਹਨਾਂ ਨੇ ਕੀਤਾ। ਲੀਡ ਕਰ ਰਿਹਾ, ਹਜੇ ਕਾਲ ਨਹੀਂ ਕੀਤੀ ਗਈ ਵੀ ਹਾਂ ਨਵਾਡਾ ਟਰੰਪ ਉਹਨਾਂ ਦੇ ਕੋਲ ਆ ਗਈ ਆ, ਕਿਉਂਕਿ ਹਜੇ ਜਿਹੜੀਆਂ ਵੋਟਾਂ ਕਾਊਂਟ ਹੋਈਆਂ, ਮੈਂ ਤੁਹਾਨੂੰ ਜੇ ਐਗਜ਼ੈਕਟ ਫਿਗਰ ਦੱਸਦਾ, 77% ਵੋਟਾਂ ਹੀ ਕਾਊਂਟ ਹੋਈਆਂ, ਹਜੇ 23% ਰਹਿੰਦੀਆਂ।
ਡੋਨਲਡ ਟਰੰਪ ਉਹਨਾਂ ਦੀਆਂ 5,33,881 ਆ ਤੇ ਕਮਲਾ ਹੈਰਿਸ ਕੋ 4,93,739 ਰੇਡੀਓ ਤੇ ਉਹ ਕਹਿੰਦੇ 260 ਆ। ਹਾਂਜੀ 40,000 ਵੋਟਾਂ ਦਾ ਫਰਕ ਹੈਗਾ। ਸੋ ਹੋਪਫੁਲੀ ਸ਼ਾਇਦ ਥੋੜੇ ਮਿੰਟਾਂ ਤੱਕ ਹੋ ਜਾਏ। ਪਰ ਉਹ ਗੱਲ ਛੱਡੋ, ਹੁਣ ਇੱਕ ਮੈਂ ਹੋਰ ਗੱਲ ਪੁੱਛਣੀ ਸੀ। ਮੈਂ ਕਿਹਾ ਜਦੋਂ ਆਪਾਂ ਪਹਿਲੋਂ ਗੱਲ ਕਰਦੇ ਸੀ ਤੇ ਕਹਿੰਦੇ ਕੈਲੀਫੋਰਨੀਆ ਜਾਂ ਵਾਸ਼ਿੰਗਟਨ ਰੈੱਡ ਹੋ ਜਾਵੇ ਫਿਰ ਆਪਣੇ ਵੀ ਘਰ ਘਰ ਆਇਆ ਕਰਨਗੇ, ਰੈਲੀਆਂ ਹੋਇਆ ਕਰਨਗੀਆਂ ਇੱਥੇ ਵੀ। ਫਿਰ ਤਾਂ ਹੋਇਆ ਕਰਨਗੀਆਂ ਜੀ, ਇੱਕ ਵਾਰੀ ਸਵਿੰਗ ਸਟੇਟ ਬਣ ਕੇ ਤਾਂ ਦੇਖੋ। ਆਉਂਦੇ ਹੀ ਨਹੀਂ ਕਦੀ ਆਪਣੇ ਵਾਲ ਦਾ। ਆਪਣੇ ਲਈ ਤਾਂ ਨਾ ਡੈਮੋਕ੍ਰੇਟ ਆਉਂਦੇ ਨਾ ਦੂਜੇ ਆਉਂਦੇ। ਕੋਈ ਨਹੀਂ ਕੇਅਰ ਕਰਦਾ, ਕੋਈ ਨਹੀਂ ਕੇਅਰ ਕਰਦਾ। ਇਹ ਤਾਂ ਹੈ ਜੀ, ਬਿਲਕੁਲ। ਪਰ ਦੇਖਿਆ ਜਾਵੇ ਇਸ ਵਾਰੀ ਕਾਫੀ ਰਿਪਬਲਿਕਨ ਵੋਟਾਂ ਕੈਲੀਫੋਰਨੀਆ 'ਚ ਜਾ ਰਹੀਆਂ ਆ। ਹੁਣ 48,99,905 ਜਿੰਨੀਆਂ ਕਾਊਂਟ ਹੋਈਆਂ ਉਹ ਕਮਲਾ ਹੈਰਿਸ ਕੋ ਆ। ਡੋਨਲਡ ਟਰੰਪ ਕੋ 3,94,663 ਆ। ਸੋ ਫਰਕ ਤਾਂ ਜਿਹੜਾ ਪੈ ਰਿਹਾ ਆ, ਪਰ ਲੱਗਦਾ ਇਸ ਵਾਰੀ ਜਿਹੜੀ ਆ ਪੱਕਾ ਡੋਨਲਡ ਟਰੰਪ ਹੋਣੀ ਜਿਹੜੇ ਪ੍ਰੈਜ਼ੀਡੈਂਟ ਆ ਰਹੇ ਆ ਤੇ ਬਹੁਤ ਸਾਰੇ ਜਿਹੜੇ ਚੇਂਜਿਸ ਉਸ ਦੇ ਨਾਲ ਆਉਣਗੇ ਜੀ। ਬਹੁਤ ਸਾਰੇ ਚੇਂਜਿਸ ਜਿਹੜੇ ਇਸ ਦੇ ਨਾਲ ਆਉਣਗੇ। ਅਮਰੀਕਾ ਦੇ ਲਈ ਵੀ, ਫੋਰਨ ਪਾਲਿਸੀ ਦੇ ਲਈ ਵੀ ਬਹੁਤ ਕੁਝ ਜਿਹੜਾ ਇਸ ਦੇ ਵਿੱਚ ਜਿਹੜਾ ਫਰਕ ਜਿਹੜਾ ਪਊਗਾ। ਬਾਕੀ ਮੁਲਕ ਵੀ ਇਸ ਟਾਈਮ ਇਹਨਾਂ ਨਤੀਜਿਆਂ ਨੂੰ ਉਸੇ ਹੀ ਜਿਹੜੇ ਤਰੀਕੇ ਦੇ ਨਾਲ ਦੇਖ ਰਹੇ ਆ, ਸੁਣ ਰਹੇ ਆ, ਜਿਸ ਤਰੀਕੇ ਦੇ ਨਾਲ ਆਪਾਂ ਜਿਹੜਾ ਇਹ ਸਭ ਨੂੰ ਵਾਚ ਕਰ ਰਹੇ ਆ। ਆਪਣੇ ਅਗਲੇ ਕਾਲਰ ਨੇ ਜਸਪਾਲ ਵਿਰਕ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। 6:30 ਵਜੇ ਤੋਂ ਲੈ ਕੇ ਨਿਰੰਤਰ ਸੇਵਾ ਹੋ ਰਹੀ ਹੈ ਜੀ। ਜੀ ਬਿਲਕੁਲ, ਬਹੁਤ ਬਹੁਤ ਥੈਂਕ ਯੂ ਤੁਹਾਡਾ। ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਤੇ ਚਾਹ ਤੁਹਾਡੀ ਬਾਹਰ ਬਣ ਕੇ ਆ ਗਈ ਹੋਏਗੀ, ਸ਼ਾਇਦ ਤੁਸੀਂ ਪੀ ਲਓ ਫਟਾਫਟ। ਜਰਾ ਘੱਟ ਮਿੱਠੇ ਵਾਲੀ ਚਾਹ ਆ ਗਈ ਹੈ। ਨਹੀਂ, ਘੱਟ ਕਿਉਂ ਮਿੱਠਾ ਜੀ, ਸੁਖਨਾ ਜੇ ਪੂਰਾ ਮਿੱਠਾ ਚੱਲਦਾ। ਮਿੱਠੇ ਨਾਲੇ ਦਾ ਮਿੱਠੇ ਨਾਲ ਤਾਂ ਅਲਰਜੀ ਆ ਜੀ। ਜੇ ਹੁਣ ਮਿੱਠਾ ਨਹੀਂ ਪੀਤਾ ਫਿਰ ਮਿੱਠੇ ਕਿੱਦਾਂ ਬੋਲਾਂਗੇ ਜੀ। ਬਿਲਕੁਲ, ਚਾਹ ਤੁਹਾਡੀ ਰੈਡੀ ਹੈ, ਤੁਸੀਂ ਪੀਣ ਲਈ ਤਿਆਰ ਹੋ। ਠੀਕ ਹੈ ਜੀ। ਠੀਕ ਹੈ ਜਸਪਾਲ ਜੀ, ਥੈਂਕ ਯੂ ਜੀ। ਸਾਰਿਆਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਥੈਂਕ ਯੂ, ਸ਼ੁਕਰੀਆ। ਸੋ ਕੁਝ ਕਿ ਜਿਹੜੇ ਸਟੇਟ ਬੈਲਟਸ ਦੇ ਆਪਾਂ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੇ ਜਿਹੜੀਆਂ ਪ੍ਰੋਪੋਜੀਸ਼ਨ ਸੀ ਉਹਨਾਂ ਦਾ ਦੱਸਦੇ ਜਾਈਏ। ਜਿਹੜੀ ਪ੍ਰੋਪ 36 ਆ ਉਹ ਜਿੱਤ ਗਈ ਆ, ਜਿਹਦੇ ਵਿੱਚ ਡਰੱਗ ਤੇ ਜਿਹੜੀ ਆ ਚੋਰੀ ਦੇ ਕ੍ਰਾਈਮਸ ਆ ਉਹਨਾਂ ਨੂੰ ਲੈ ਕੇ ਜਿਹੜਾ ਆ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਚਾਹ ਦੇ ਲਈ ਬਹੁਤ ਬਹੁਤ ਧੰਨਵਾਦ। ਫਾਈਨਲੀ ਇਹਨਾਂ ਨੇ ਵੀ ਸੁਣ ਲਈ ਆ ਤੇ 4 ਸਾਲਾਂ ਬਾਅਦ ਅਮਰੀਕਨ ਲੋਕ ਕਹਿੰਦੇ ਸਾਡੀ ਸੁਣੀ ਗਈ ਆ ਤੇ ਸਾਡੀ ਵੀ ਅੰਦਰੋਂ ਬਾਹਰ ਕਿਸੇ ਨੇ ਜਿਹੜੀ ਉਹ ਸੁਣ ਲਈ ਆ। ਤੇ ਅਗਲੀ ਜਿਹੜੀ ਪ੍ਰੋਪੋਜੀਸ਼ਨ 35 ਸੀਗੀ ਮੈਡੀਕਲ ਦੇ ਲਈ ਪਰਮਾਨੈਂਟ ਫੰਡਿੰਗ ਪ੍ਰੋਵਾਈਡ ਕਰਨ ਵਾਲੀ, ਉਹਦੇ ਵਿੱਚ ਵੀ 67.5% ਵੋਟਾਂ ਜਿਹੜੀਆਂ ਪਈਆਂ। ਸੋ ਉਸ ਦੇ ਵਿੱਚ ਯੈਸ ਹੋਇਆ ਆ। ਪ੍ਰਸਕ੍ਰਿਪਸ਼ਨ ਰੈਵਨਿਊਜ਼ ਦੇ ਉੱਤੇ ਸਪੈਂਡਿੰਗ ਨੂੰ ਰਿਸਟ੍ਰਿਕਟ ਕਰਨ ਵਾਲੀ ਜਿਹੜੀ ਪ੍ਰੋਪੋਜੀਸ਼ਨ ਆ ਉਹ 51% ਦੇ ਨਾਲ ਜਿਹੜੀ ਉਹ ਲੀਡ ਕਰ ਰਹੀ ਹੈ, ਯੈਸ ਦੇ ਵੱਲ ਨੂੰ ਜਾ ਰਹੀ ਆ। ਲੋਕਲ ਗਵਰਨਮੈਂਟ ਰੈਂਟ ਕੰਟਰੋਲ ਜਿਹੜਾ ਉਹ ਕਰੇ, ਉਸ ਦੇ ਉੱਤੇ ਲੋਕਾਂ ਨੇ ਨਾ ਕੀਤੀ ਆ। 4.7 ਮਿਲੀਅਨ ਲੋਕਾਂ ਨੇ ਨਾ ਕੀਤੀ ਤੇ 2.8 ਨੇ ਹਾਂ ਕੀਤੀ ਸੀ। ਮਿਨੀਮਮ ਵੇਜ ਵਧਾਉਣ ਵਾਲੀ ਜਿਹੜੀ ਪ੍ਰੋਪ 32 ਆ ਉਸ ਦੇ ਉੱਤੇ ਵੀ ਲੋਕਾਂ ਨੇ ਨਾ ਕੀਤੀ ਹੈ 51.8% ਤੇ 48.2 ਨੇ ਜਿਹੜੀ ਉਸ ਦੇ ਵਿੱਚ ਹਾਂ ਕੀਤੀ ਸੀ। ਜਿਹੜੇ ਕੈਦੀ ਹੁੰਦੇ ਆ ਉਹਨਾਂ ਨੂੰ ਧੱਕੇ ਦੇ ਨਾਲ ਕੰਮ ਕਰਾਉਣ ਵਾਲੀ ਜਿਹੜੀ ਪ੍ਰੋਪੋਜੀਸ਼ਨ ਆ ਉਸ ਤੇ ਵੀ ਉਲਟ ਲੋਕਾਂ ਨੇ ਜਿਹੜਾ ਉਹ ਵੋਟ ਜਿਹੜੀ ਉਹ ਪਾਈ ਆ। ਉਹ ਕਹਿੰਦੇ ਸੀ ਵੀ ਐਲੀਮੀਨੇਟ ਕਰ ਦਿਓ, ਵੀ ਕੰਮ ਨਾ ਕਰਾਓ, ਪਰ ਲੋਕਾਂ ਨੇ ਨਾ ਕਰਤੀ। ਇਹਦਾ ਮਤਲਬ ਵੀ ਲੋਕ ਚਾਹੁੰਦੇ ਆ ਵੀ ਕੈਦੀਆਂ ਦੇ ਕੋਲ ਧੱਕੇ ਦੇ ਨਾਲ ਜਿਹੜਾ ਉਹ ਕੰਮ ਕਰਵਾਇਆ ਜਾ ਸਕਦਾ ਆ। ਬੌਂਡ ਜਿਹੜੇ ਅਫੋਰਡੇਬਲ ਹਾਊਸਿੰਗ ਤੇ ਇਨਫਰਾਸਟ੍ਰਕਚਰ ਦੇ ਲਈ ਸੀਗੇ ਜਿਹੜੇ, ਉਹਦੇ ਵਿੱਚ ਵੀ ਲੋਕਾਂ ਨੇ ਨਾ ਕਰ ਦਿੱਤੀ ਆ। ਅਫੋਰਡੇਬਲ ਹਾਊਸਿੰਗ ਦਾ ਬਹੁਤ ਵੱਡਾ ਜਿਹੜਾ ਮੁੱਦਾ ਸੀ, ਉਸ ਦੇ ਲਈ ਇਹਨਾਂ ਨੇ ਬੌਂਡ ਲਿਆਂਦੇ ਸੀ, ਪਰ ਕੈਲੀਫੋਰਨੀਆ ਦੇ ਵੋਟਰਸ ਨੇ 56.5% ਸੋ ਫਾਰ ਜਿੰਨੀਆਂ ਵੋਟਾਂ ਕਾਊਂਟ ਹੋਈਆਂ ਆ ਉਹਦੇ ਵਿੱਚ ਉਹਨਾਂ ਨੇ ਨਾ ਕੀਤੀ, ਵੀ ਕਹਿੰਦੇ ਨਹੀਂ ਸਾਨੂੰ ਨਹੀਂ ਚਾਹੀਦੇ ਇਹ ਬੌਂਡ। ਪਰ ਜਿਹੜੇ ਇੱਕ ਬੌਂਡ ਵਾਟਰ, ਵਾਈਲਡ ਫਾਇਰ ਤੇ ਕਲਾਈਮੇਟ ਰਿਸਕ ਨੂੰ ਲੈ ਕੇ ਆ, ਉਸ ਦੇ ਵਿੱਚ ਲੋਕਾਂ ਨੇ ਹਾਂ ਕੀਤੀ ਆ। 4.4 ਮਿਲੀਅਨ ਜਿਹੜੇ ਲੋਕਾਂ ਨੇ ਹੁਣ ਤੱਕ ਵੋਟ ਉਹਨਾਂ ਦੇ ਹੱਕ 'ਚ ਭੁਗਤਾਨ ਹੋਇਆ, 57.9%। ਕਨਸਟੀਟਿਊਸ਼ਨਲ ਰਾਈਟ ਟੂ ਮੈਰਿਜ ਵਾਲਾ ਆ, ਉਸ ਦੇ ਵਿੱਚ ਵੀ ਲੋਕਾਂ ਨੇ ਵੱਡੇ ਪੱਧਰ ਦੇ ਉੱਤੇ ਹਾਂ ਕੀਤੀ ਆ 62.6% ਵੋਟਾਂ ਦੇ ਨਾਲ। ਤੇ ਜਿਹੜੇ ਸਕੂਲ, ਕਾਲਜਿਸ, ਫੈਸਿਲਿਟੀਜ਼ ਦੇ ਲਈ ਬੌਂਡ ਸੀਗੇ ਜਿਹਨੂੰ ਪ੍ਰੋਪ 2 ਕਹਿੰਦੇ ਸੀ, ਉਸ ਦੇ ਵਿੱਚ ਵੀ ਜਿਹੜੇ ਸਕੂਲ, ਕਾਲਜਿਸ ਦੇ ਜਿਹੜੇ ਸੁਧਾਰ ਦੇ ਲਈ ਸੀ ਇਨਫਰਾਸਟ੍ਰਕਚਰ ਲਈ, ਉਸ ਦੇ ਵਿੱਚ ਵੀ ਲੋਕਾਂ ਨੇ ਹਾਂ ਜਿਹੜੀ ਉਹ ਕੀਤੀ ਹੈ 56.7% ਵੋਟਾਂ ਦੇ ਨਾਲ ਜੀ। ਬਹੁਤ ਸਾਰੇ ਜਿਹੜੇ ਮੈਗਾ ਪਰਸਨੈਲਿਟੀਜ਼ ਹੈਗੀਆਂ
ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਸਾਬਕਾ ਵਾਈਟ ਹਾਊਸ ਦੇ ਜਿਹੜੇ ਏਡਸ ਆ, ਜਿਹੜੇ ਉਹਨਾਂ ਦੇ ਸਹਾਇਕ ਸੀਗੇ, ਟਰੰਪ ਉਹਨਾਂ ਦੀ ਕੈਂਪੇਨ ਪਾਰਟੀ, ਟੱਕਰ ਕਾਲਸਨ, ਸਰਾ ਹਕਵੀ ਸੈਂਡਰਸ ਅਰਕਨਸਾਸ ਦੀ ਜੋ ਗਵਰਨਰ ਆ, ਮਾਈਕਲ ਐਂਟਨ ਹੋਗਨ ਗਿਡਲੀ, ਇਹ ਸਾਰੇ ਜਿਹੜੇ ਆ ਕਹਿੰਦੇ ਜਿਹੜਾ ਕਨਵੈਨਸ਼ਨ ਸੈਂਟਰ ਆ ਜਿੱਥੇ ਟਰੰਪ ਹੁਣੀ ਪਹੁੰਚ ਰਹੇ ਆ, ਉਸ ਮੇਨ ਰੂਮ ਦੇ ਵਿੱਚ ਉਹ ਇਕੱਠੇ ਹੋਏ ਹੈਗੇ ਆ। ਸੋ ਇੱਕ ਤਰ੍ਹਾਂ ਨਾਲ ਜਿੱਤ ਦਾ ਜਿਹੜਾ ਜਸ਼ਨ ਆਪਾਂ ਕਹਿ ਸਕਦੇ ਆ, ਜਸ਼ਨ ਮਨਾਉਣ ਲਈ ਉਹ ਤਿਆਰੀਆਂ ਕਰ ਰਹੇ ਆ। ਯੂਰਪ ਵਾਲੇ ਜਿਹੜੇ ਆ ਇਸ ਵੇਲੇ ਘਾਬਰੇ ਹੋਏ ਆ। ਸੈਕੰਡ ਟਰੰਪ ਪ੍ਰੈਜ਼ੀਡੈਂਸੀ ਕਾਫੀ ਵੀ ਪੋਤੇ ਨਾਲ ਜੱਫੀਆਂ ਨਾ ਪੈ ਜਾਣ ਜੀ। ਬਲੂਮਬਰਗ ਕਾਫੀ ਰਿਪੋਰਟ ਕਰ ਰਿਹਾ, ਕਹਿੰਦੇ ਵੀ ਯੂਕਰੇਨ ਦਾ ਜਿਹੜਾ ਡਿਫੈਂਸ ਸੀ ਰਸ਼ੀਆ ਦੇ ਅਗੇਂਸਟ, ਨਾਟੋ ਨੂੰ ਲੈ ਕੇ, ਟਰਾਂਸ ਐਟਲਾਂਟਿਕ ਰਿਲੇਸ਼ਨ ਤੇ ਟ੍ਰੇਡ, ਇਹ ਸਾਰਾ ਕੁਝ ਜਿਹੜਾ ਆ ਇਹਦੇ ਤੇ ਅਸਰ ਪੈਣ ਜਾ ਰਿਹਾ ਹੈਗਾ। ਟਰੰਪ ਉਹਨਾਂ ਨੇ ਪਿਛਲੀ ਵਾਰੀ ਟੈਰਿਫਸ ਕਾਫੀ ਲਾਏ ਸੀ ਯੂਰਪੀਅਨ ਸਟੀਲ ਤੇ ਐਲੂਮੀਨੀਅਮ ਦੇ ਉੱਤੇ, ਜਿਹਦੇ ਨਾਲ ਫਿਰ 27 ਨੇਸ਼ਨ ਬਲੌਕ ਨੇ ਜਿਹੜੇ US ਦੇ ਹਾਰਲੇ ਡੇਵਿਡਸਨ ਮੋਟਰਸਾਈਕਲਸ ਆ ਉਹਨਾਂ ਦੇ ਉੱਤੇ ਜਿਹੜੇ ਕਾਫੀ ਟੈਕਸ ਲਾ ਦਿੱਤੇ ਸੀ। ਸੋ ਕਾਫੀ ਕੁਝ ਜਿਹੜਾ ਦੁਨੀਆ ਦੇ ਵਿੱਚ ਕਿਉਂਕਿ ਇਲੈਕਸ਼ਨ ਨੂੰ ਲੈ ਕੇ ਉੱਪਰ ਥੱਲੇ ਜਿਹੜਾ ਹੋਣ ਜਾ ਰਿਹਾ ਹੈਗਾ ਜੀ। ਜਿਹੜੇ ਮੁਲਕ ਕਹਿੰਦੇ ਗਰੰਟਡ ਲੈਂਦੇ ਸੀ ਕਿ ਹਾਂ ਅਮਰੀਕਾ ਸਾਡੇ ਨਾਲ ਆ, ਖਾਸ ਕਰਕੇ ਯੂਕਰੇਨ, ਉਹਨਾਂ ਨੂੰ ਜਿਹੜਾ ਆ ਹੁਣ ਸੋਚਣਾ ਪਊਗਾ ਵੀ ਭਾਈ ਹੁਣ ਤਾਂ ਸਾਨੂੰ ਰਸ਼ੀਆ ਦੇ ਨਾਲ ਜਿਹੜੀ ਆ ਕੋਈ ਨਾ ਕੋਈ ਪੀਸ ਟਰੀਟੀ ਕਰਨੀ ਪਊਗੀ ਜੀ। ਬਿਲਕੁਲ। ਸੋ ਕਈ ਕੁਛ ਜਿਹੜਾ ਇਸ ਦੇ ਵਿੱਚ ਹੁਣ ਤਬਦੀਲੀਆਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ। ਗੈਰੀ ਸਿੰਘ ਜੁੜੇ ਨੇ। ਹਾਂਜੀ ਗੈਰੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਤੁਹਾਡਾ ਲੱਗ ਰਿਹਾ ਪ੍ਰੋਗਰਾਮ ਭਾਜੀ, ਤੇ ਜੁਬਾ ਕਿਤੇ ਪਟਾਕੇ ਵੱਜਣ ਲੱਗ ਪਏ। ਠੀਕ ਆ ਜੀ। ਮੈਂ ਕਿਹਾ ਭਾਜੀ ਨੂੰ ਦੱਸਦਾ ਜੁਬਾ ਕਿ ਮੈਂ ਕਿਹਾ ਪਟਾਕੇ ਕਾਹਦੇ ਵੱਜਣ ਡੇ ਨੇ ਬਾਹਰ ਦੇਖਿਆ ਤੇ ਕਾਰਨ ਆ ਨਾ ਵੀ ਫਿਰ ਉਹ ਥੋੜੀ ਰੈੱਡ ਕਾਉਂਟੀ ਆ ਉਹ ਉਦਣ ਨਗਰ ਕੀਰਤਨ ਦੇ ਉਹ ਜਦ ਵੱਜਣੇ ਸੀ ਤਾਂ ਮੀਂਹ ਪੈਂਦਾ ਸੀ, ਮੈਨੂੰ ਲੱਗਦਾ ਕਈਆਂ ਨੇ ਰੱਖੇ ਹੋਣੇ ਉਦਣ ਦੇ। ਚਲੋ ਅੱਜ ਚਲਾ ਲੱਗ ਪਏ, ਸ਼ੁਰੂ ਹੋ ਗਿਆ ਭਾਜੀ। ਜੀ ਜੀ ਬਿਲਕੁਲ ਜੀ। ਠੀਕ ਹੈ, ਥੈਂਕ ਯੂ ਜੀ। ਮਿਲ ਗਈ ਭਾਜੀ? ਮਿਲ ਗਈ ਜੀ, ਮਿਲ ਗਈ। ਆਖੋ ਪੀਣੀ ਸ਼ੁਰੂ ਕਰਤੀ ਜੀ ਹੁਣ। ਚਲੋ ਠੀਕ ਹੈ ਭਾਜੀ, ਓਕੇ ਓਕੇ, ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਕੁਲਵੰਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਆਪਣੇ ਨਾ ਮੈਂ ਤੁਸੀਂ ਪਿੱਛੇ ਚੱਲਦੇ ਆ, ਲੈ ਕੇ ਪੈਂਸਿਲਵੇਨੀਆ ਟਰੰਪ ਲੈ ਗਿਆ ਤੇ 277 ਪੈਂਸਿਲਵੇਨੀਆ। ਹਾਂਜੀ ਠੀਕ ਹੈ ਜੀ। ਹਾਂਜੀ ਲੈ ਗਿਆ ਆਪਣਾ ਨਾ 277 ਟਰੰਪ ਲੈ ਗਿਆ ਆਪਣਾ, ਤੇ ਕਮਲਾ ਹੈਰਿਸ ਲੱਗੀ 226 ਤੇ ਫੌਕਸ ਨਿਊਜ਼ ਤੇ ਨਿਊਜ਼ ਆਉਣ ਲਈ ਆ। ਕਿਹਨਾਂ ਦੇ ਉੱਤੇ? ਫੌਕਸ ਨਿਊਜ਼ ਤੇ। ਫੌਕਸ ਵਾਲੇ ਥੋੜੇ ਜਿਹਾ ਅੱਗੇ ਚੱਲਦੇ ਹੁੰਦੇ ਜੀ। ਉਹ ਤੁਹਾਨੂੰ ਪਤਾ ਫੌਕਸ ਵਾਲੇ ਰਿਪਬਲਿਕਨ ਆ, ਸੋ ਅਸੀਂ ਇਸ ਕਰਕੇ ਥੋੜੇ ਨਿਊਟਰਲ ਚੈਨਲ ਦੀ ਜਿਹੜੀ ਆ ਦੱਸ ਰਹੇ ਉਹ ਡਿਸਾਈਡ ਕਰਦੇ ਹੈਗੇ ਆ, ਕਿਉਂਕਿ ਜਿਹੜੇ ਐਸੋਸੀਏਟਡ ਪ੍ਰੈਸ ਆ ਥੋੜਾ ਨਿਊਟਰਲ ਆ ਇਹ, ਉਹਦੀ ਜਿਹੜੀ ਤੁਹਾਡੇ ਨਾਲ ਅਸੀਂ ਅਪਡੇਟ ਸਾਂਝਾ, ਹਾਲਾਂਕਿ ਆਪਾਂ ਦੇਖ BBC ਜਾਂ ਹੋਰ ਵੀ ਰਹੇ ਆ, CNN ਥੋੜਾ ਲੈਫਟ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਥੋੜਾ ਨਹੀਂ ਪੂਰਾ ਹੀ ਜੀ। ਪੈਂਸਿਲਵੇਨੀਆ ਨੂੰ ਹਜੇ ਕਾਲ ਨਹੀਂ ਕੀਤਾ ਗਿਆ ਹੈਗਾ, ਹਜੇ ਤੱਕ ਨਹੀਂ ਕਾਲ ਨਹੀਂ ਕੀਤਾ ਗਿਆ। ਉਹ ਫੌਕਸ ਪ੍ਰੋਜੈਕਟ ਕਰ ਰਿਹਾ ਵੀ ਉਹ ਜਿੱਤ ਗਿਆ ਜੀ। ਹਾਂਜੀ, ਹਾਲਾਂਕਿ 94% ਵੋਟਾਂ ਕਾਊਂਟ ਹੋ ਚੁੱਕੀਆਂ। ਡੋਨਾਲਡ ਟਰੰਪ ਉਹਨਾਂ ਨੂੰ 33,73,595 ਜੋ ਕਿ 51% ਬਣਦੀਆਂ, ਤੇ ਕਮਲਾ ਹੈਰਿਸ ਨੂੰ 31,75,583 48%। ਸੋ ਲਗਭਗ 2 ਲੱਖ ਵੋਟਾਂ ਦਾ ਫਰਕ ਆ। ਸੋ ਜੇਤੋਂ ਨਹੀਂ ਜਾਣੀ ਆ ਇਹ ਜੋ ਲੱਗ ਰਿਹਾ ਵੀ 6% ਵੋਟਾਂ ਜਿਹੜੀਆਂ ਰਹਿੰਦੀਆਂ ਹੈਗੀਆਂ, ਪਰ ਹਜੇ ਤੱਕ ਜਿਹੜਾ ਫਾਈਨਲ ਇਹ ਜਿਹੜਾ ਡਿਸੀਜਨ ਨਹੀਂ ਦਿੱਤਾ ਗਿਆ ਹੈਗਾ ਐਸੋਸੀਏਟਡ ਪ੍ਰੈਸ ਵੱਲੋਂ ਜੀ। ਥੈਂਕ ਯੂ ਜੀ। ਜਿਹੜਾ CNN ਦਿਖਾਉਂਦਾ 187, ਕਮਲਾ ਹੈਰਿਸ ਨੂੰ ਤੇ ਟਰੰਪ ਨੂੰ 246। ਇੰਡੀਆ ਦੇ 8 ਘੰਟੇ ਪਿੱਛੇ, ਉਹਨਾਂ ਤੋਂ ਵੀ ਪਿੱਛੇ ਤਾਂ ਉਹ ਗੱਲ ਹੋ ਗਈ। ਸੋ ਇਹ ਇਸ ਹਿਸਾਬ ਦੇ ਨਾਲ ਜਿਹੜਾ ਉਹ ਕੰਮ ਚੱਲ ਰਿਹਾ, ਤੇ ਕੋਈ ਗੱਲ ਨਹੀਂ, ਏਦਾਂ ਹੀ ਜਿਹੜਾ ਉਹ ਚੱਲਦਾ ਰਹਿੰਦਾ ਜੀ। ਥੈਂਕ ਯੂ ਜੀ। ਚਲੋ ਠੀਕ ਹੈ, ਮਿਹਰਬਾਨੀ ਜੀ, ਸ਼ੁਕਰੀਆ। ਵਿਸਕੌਨਸਨ ਦੇ ਵਿੱਚ ਵੀ ਬੜੀ ਫਾਸਮੀ ਟੱਕਰ ਹੈਗੀ ਆ। ਵਿਸਕੌਨਸਨ 'ਚ 99% ਵੋਟਾਂ ਕਾਊਂਟ ਹੋ ਚੁੱਕੀਆਂ। ਡੋਨਾਲਡ ਟਰੰਪ ਉਹਨਾਂ ਕੋਲ 15,40,311, ਕਮਲਾ ਹੈਰਿਸ ਕੋ 14,15,508। ਸੋ 1,25,000 ਵੋਟਾਂ ਦਾ ਫਰਕ ਹੈਗਾ ਆ ਉੱਥੇ, ਪਰ ਟਰੰਪ ਹੋਣੀ ਅੱਗੇ ਹੈਗੇ ਆ। ਐਰੀਜ਼ੋਨਾ ਦੇ ਵਿੱਚ ਬੜਾ ਘੱਟ ਫਰਕ ਆ, ਲਗਭਗ 19,000 ਵੋਟਾਂ ਦਾ ਹੀ ਫਰਕ ਹੈਗਾ ਆ। 51% ਕਾਊਂਟ ਹੋਈਆਂ ਆ ਉੱਥੇ। ਡੋਨਾਲਡ ਟਰੰਪ ਉਹਨਾਂ ਕੋਲ 9,40,508, ਕਮਲਾ ਹੈਰਿਸ ਕੋ 9,21,341 ਆ। ਪਰ ਇਹ ਗੱਲ ਸ਼ੋਰ ਆ ਵੀ ਜੇ ਉਹ ਪੈਂਸਿਲਵੇਨੀਆ ਸਟੇਟ ਲੈ ਜਾਂਦੇ ਆ ਤੇ 19 ਜਿਹੜੀਆਂ ਵੋਟਾਂ ਇਹ ਹੈਗੀਆਂ ਆ, ਤੇ 200 ਤੇ 66 ਉਹਨਾਂ ਦੀਆਂ ਫਿਰ ਬਣ ਜਾਣੀਆਂ। ਤੇ 3 ਅਲਾਸਕਾ ਵਾਲੀਆਂ ਲਾ ਲਓ ਜੀ ਨਾਲ,
ਜੇ ਅਲਾਸਕਾ 'ਚ ਵੀ ਅੱਗੇ ਜਾ ਰਹੇ ਆ, ਜੇ ਅਲਾਸਕਾ ਦੀਆਂ ਵੀ 3 ਆ ਜਾਂਦੀਆਂ ਸੋ ਪ੍ਰੈਜ਼ੀਡੈਂਟ ਟਰੰਪ ਕੋਲ ਕਾਫੀ ਚੁਆਇਸਸ ਹੈਗੀਆਂ ਆ। ਮਿਸ਼ੀਗਨ ਦੀਆਂ 15 ਵੋਟਾਂ ਆ, ਵਿਸਕੌਨਸਨ ਦੀਆਂ 10 ਆ, ਪੈਂਸਿਲਵੇਨੀਆ ਦੀਆਂ 19 ਆ, ਐਰੀਜ਼ੋਨਾ ਦੀਆਂ ਜਿਹੜੀਆਂ 11 ਆ, ਨਵਾਡਾ ਦੀਆਂ 6 ਆ। ਨਵਾਡਾ ਦੇ ਵਿੱਚ 78% ਵੋਟਾਂ ਕਾਊਂਟ ਹੋ ਗਈਆਂ। ਹਜੇ ਵੀ ਉਹ 45,000 ਵੋਟਾਂ ਦੇ ਨਾਲ ਅੱਗੇ ਹੈਗੇ ਆ ਡੋਨਲਡ ਟਰੰਪ। ਜੀ ਬਿਲਕੁਲ, ਜਿਹੜਾ ਹਰਜੋਤ ਸਿੰਘ ਜੀ 47ਵੇਂ ਜਿਹੜੇ ਰਾਸ਼ਟਰਪਤੀ ਆ ਉਹ ਅਮਰੀਕਾ ਦੇ ਬਣ ਸਕਦੇ ਨੇ। ਜਿਹੜੇ ਟਰੰਪ ਹੋਣੀ, ਜਿੱਦਾਂ ਇਹਨਾਂ ਨੇ ਦੱਸਿਆ ਵੀ ਟਰੰਪ ਹੋਣੀ ਫੌਕਸ ਵਾਲੇ ਜਿਹੜੇ ਆਲਰੇਡੀ ਉਹਨਾਂ ਨੂੰ ਐਲਾਨ ਜਿਹੜਾ ਉਹ ਕਰ ਰਹੇ ਆ ਵੀ ਆਲਰੇਡੀ ਪ੍ਰੋਜੈਕਟਡ ਇਲੈਕਟਡ ਜਿਹੜੇ ਆ 47th ਜਿਹੜੇ ਉਹ ਪ੍ਰੈਜ਼ੀਡੈਂਟ ਉਹਨਾਂ ਨੇ ਉਹ ਜਿਹੜਾ ਉਹ ਐਲਾਨ ਕੀਤਾ ਆ। ਸੋ ਟਰੰਪ ਹੋਣਾ ਦਾ ਜਿਹੜਾ ਇਸ ਦੇ ਵਿੱਚ ਨਾਰਾ ਸੀ, ਟਰੰਪ ਵਿਲ ਫਿਕਸ ਇਟ, ਮੇਕ ਅਮਰੀਕਾ ਗ੍ਰੇਟ ਅਗੇਨ। ਕਮਲਾ ਨੂੰ ਜਿੱਦਾਂ ਉਹ ਕਹਿੰਦੇ ਸੀ ਯੂ ਆਰ ਫਾਇਰਡ। ਸੋ ਸਾਰੇ ਜਿਹੜੇ ਬਿਆਨ ਆ ਉਹਨਾਂ ਦੇ ਭਾਸ਼ਣ ਦੇ ਵਿੱਚ ਆਪਾਂ ਨੂੰ ਅੱਜ ਹੋ ਸਕਦਾ ਹੈ ਉਹ ਦੇਖਣ ਨੂੰ ਜਿਹੜੇ ਉਹ ਮਿਲ ਜਾਣ। ਇਹ ਜਿਹੜੀ ਜ਼ਰੂਰ ਗੱਲ ਹਰਜੋਤ ਸਿੰਘ ਜੀ ਦੇਖਣ ਵਾਲੀ ਰਹੇਗੀ ਕਿ ਕਮਲਾ ਹੈਰਿਸ ਕਾਲ ਕਰਕੇ ਕੰਸੀਡ ਕਰਦੀ ਆ ਜਾਂ ਨਹੀਂ। ਘੱਟ ਚਾਂਸ ਆ, ਮੈਨੂੰ ਨਹੀਂ ਲੱਗਦਾ ਇਸ ਵਾਰ ਬਾਈਡਨ ਹੁਣੀ ਵੀ ਟ੍ਰਾਂਜੀਸ਼ਨ ਦੇ ਵਿੱਚ ਜਾਂ ਸਹੁੰ ਚੁੱਕ ਸਮਾਗਮ ਦੇ ਵਿੱਚ ਆਉਣਗੇ, ਕਿਉਂਕਿ ਟਰੰਪ ਹੋਣਾ ਨੇ ਵੀ ਕਿਨਾਰਾ ਜਿਹੜਾ ਇਹਨਾਂ ਦੀ ਸਹੁੰ ਚੁੱਕ ਸਮਾਗਮ ਦਾ ਬਾਈਡਨ ਹੋਣਾ ਦੇ ਦਾ ਜਿਹੜਾ ਉਹ ਕੀਤਾ ਸੀਗਾ। ਸੋ ਕੀ ਇਵੈਂਚੁਅਲੀ ਅਮਰੀਕਾ ਨੂੰ ਫਿਕਸ ਕਰਨ ਦੇ ਨਾਲ ਨਾਲ ਕੀ ਅਮਰੀਕਾ ਨੂੰ ਹੀਲ ਕਰ ਸਕਣਗੇ? ਕੀ ਅਮਰੀਕਾ ਦੇ ਵਿੱਚ ਡਿਵੀਜ਼ਨ ਜਿਹੜੀ ਆ ਇੰਨੀ ਜ਼ਿਆਦਾ ਰੈੱਡ ਐਂਡ ਬਲੂ ਦੀ ਜਿਹੜੀ ਵਧੀ ਆ, ਕੀ ਉਹ ਚੇਂਜ ਹੋ ਸਕੂਗੀ? ਇਹ ਹੁਣ ਵੱਡੇ ਜਿਹੜੀਆਂ ਚੁਣੌਤੀਆਂ ਆ ਟਰੰਪ ਹੋਣਾ ਦੇ ਲਈ ਆ। ਪਿਛਲੇ 4 ਸਾਲ ਸਾਰਿਆਂ ਨੇ ਉਸ ਚੀਜ਼ ਦੇ ਵਿੱਚ ਦੇਖੇ ਆ। ਮੋਸਟਲੀ ਜਿਹੜੇ ਲੋਕ ਆ ਉਹ 100% ਤਾਂ ਨਹੀਂ, ਜਦੋਂ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੇ ਫਾਈਨੈਂਸ਼ੀਅਲ ਅੱਖ ਦੇ ਨਾਲ ਉਸ ਐਨਕ ਦੇ ਨਾਲ ਵੀ ਜਿਹੜਾ ਟਰੰਪ ਹੋਣਾ ਦੇ ਕਾਰਜਕਾਲ ਨੂੰ ਜਿਹੜਾ ਉਹ ਦੇਖਿਆ ਕਿੱਦਾਂ ਜਿਹੜਾ ਅਮਰੀਕਾ ਓਵਰਆਲ ਉਸ ਦੇ ਵਿੱਚ ਜਿਹੜਾ ਉਹ ਕਰ ਰਿਹਾ ਸੀਗਾ। ਬਾਕੀ ਇੱਕ ਚੀਜ਼ ਜਿਹੜੀ ਜ਼ਰੂਰ ਆ ਹਰਜੋਤ ਸਿੰਘ ਜੀ, ਸਾਰਿਆਂ ਦੇ ਲਈ ਅਗਲੇ 4 ਸਾਲ ਜਿਸ ਪੱਧਰ ਦੇ ਉੱਤੇ ਜਿਹੜਾ ਚੱਲ ਰਿਹਾ ਟਰੰਪ ਹੋਣੀ ਜਿਹੜਾ ਜਿੱਤ ਰਹੇ ਆ, ਜੇ ਉਹ ਇਹੀ ਚੀਜ਼ ਹੁੰਦੀ ਆ ਤਾਂ ਉਸ ਤੋਂ ਬਾਅਦ ਦੇ ਵਿੱਚ 4 ਸਾਲ ਦੇ ਲਈ ਕੋਈ ਨਾ ਕੋਈ ਰੌਣਕ ਮੇਲਾ ਜਿਹੜਾ ਆ ਉਹ ਲੱਗਾ ਹੀ ਰਹਿਣਾ। ਟਰੰਪ ਹੋਣਾ ਨੇ ਬਿਆਨਬਾਜ਼ੀ ਤੋਂ ਟਲਣਾ ਨਹੀਂ, ਕੁਛ ਨਾ ਕੁਛ ਉਹਨਾਂ ਨੇ ਕਹਿੰਦੇ ਰਹਿਣਾ ਆ, ਕਿਤੇ ਨਾ ਕਿਤੇ ਬਾਤ ਦਾ ਪਤੰਗੜ ਜਿਹੜਾ ਉਹ ਬਣਿਆ ਹੀ ਰਿਹਾ ਕਰੂਗਾ। ਕੁਛ ਸਰੋਤੇ ਕਰ ਰਹੇ ਆ ਲੋਕਲ ਫਰੀਮੌਂਟ ਸਿਟੀ ਦੇ ਮੇਅਰ ਦੀ ਜਿਹੜੀ ਇਲੈਕਸ਼ਨ ਆ, ਉੱਥੇ ਰਾਜ ਸਲਵਾਨ ਉਹ ਐਜ਼ ਏ ਮੇਅਰ ਜਿੱਤ ਗਏ ਆ। ਉਹਨਾਂ ਨੂੰ 12,196 ਵੋਟਾਂ ਪਈਆਂ। ਬਿੰਨੀ ਵੇਕਨ ਨੂੰ 8,021 ਤੇ ਰੋਹਨ ਮਾਰਫੀਟਾ ਨੂੰ 2961, ਹਿਊਨਿੰਗ ਨੂੰ 2539। ਸੋ ਰਾਜ ਸਲਵਾਨ 47.42% ਵੋਟਾਂ ਲੈ ਕੇ ਜੋ ਆ ਉਹ ਜਿੱਤ ਗਏ ਹੈਗੇ ਆ। ਜੀ ਬਿਲਕੁਲ। ਤੇ ਆਪਾਂ ਬਹੁਤ ਸਾਰੀਆਂ ਜਿਹੜੀਆਂ ਹੋਰ ਲੋਕਲ ਇਲੈਕਸ਼ਨਸ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਐਸਮਰਾਲਡਾ ਸੋਰੀਆ ਜਿਸ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਨਿਰਭਉ ਤੇ ਨਿਆਂ ਮਾਰਚ ਦੇ ਅਖੀਰਲੇ ਟਾਈਮ ਵੀ ਜਿਹੜੇ ਪਹੁੰਚੇ ਸੀਗੇ, ਉਹ ਫ੍ਰੈਜ਼ਨੋ ਦੇ ਵਿੱਚ ਜਿਹੜੀ 27 ਡਿਸਟ੍ਰਿਕਟ ਆ ਉਹਦੇ ਵਿੱਚ ਲੀਡ ਕਰ ਰਹੇ ਆ 9,402 ਵੋਟਾਂ। ਜਿਹੜੀ ਉਹਨਾਂ ਦੇ ਉਲਟਾ ਜੋਆਨਾ ਗਾਰਸੀਆ ਰੋਜ਼ ਉਹ 8,177 ਵੋਟ ਦੇ ਨਾਲ ਦੂਜੇ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਆਪਾਂ ਨੂੰ ਦੇਖਣ ਨੂੰ ਯੂਨੀਅਨ ਸਿਟੀ ਬੇ ਏਰੀਆ ਦਾ ਸ਼ਹਿਰ ਆ ਜਿੱਥੇ ਆਪਣੇ ਸਿੰਘ ਸਰਦਾਰ ਗੈਰੀ ਸਿੰਘ ਹੋਣੀ ਜਿਹੜੇ ਕੈਂਡੀਡੇਟ ਸੀ ਮੇਅਰ ਦੇ, ਉਹ 4127 ਵੋਟਾਂ ਲੈ ਕੇ ਜਿੱਤ ਗਏ ਆ। ਤੇ ਜਿਹੜੇ ਉਹਨਾਂ ਦੇ ਸੈਕੰਡ ਨੰਬਰ ਤੇ ਐਮਿਲੀ ਡੰਕਨ, ਉਹਨਾਂ ਨੂੰ 3469 ਵੋਟਾਂ ਜਿਹੜੀਆਂ ਪਈਆਂ ਹੈਗੀਆਂ। ਇੱਥੇ ਜਸਪ੍ਰੀਤ ਸਿੱਧੂ ਫ੍ਰੈਜ਼ਨੋ ਦੇ ਵਿੱਚ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੀ ਜਿਹੜੀ ਵੋਟ ਦੇ ਵਿੱਚ ਜਸਪ੍ਰੀਤ ਸਿੱਧੂ ਹਾਲ ਦੀ ਘੜੀ 9,079 ਵੋਟਾਂ ਦੇ ਨਾਲ ਅੱਗੇ ਚੱਲ ਰਿਹਾ ਆ। ਤੇ ਰਿਚਰਡ 979 ਤੇ ਰਿਚਰਡ ਸੋਲਸ ਜਿਹੜਾ 442 ਵੋਟਾਂ ਦੇ ਨਾਲ ਦੂਜੇ ਤੇ ਜਿਹੜਾ ਉਹ ਹੈਗਾ ਜੀ। ਜੀ ਬਿਲਕੁਲ। ਸੋ ਇਹ ਕੁਝ ਲੋਕਲ ਸੀਗੀਆਂ ਜਿਹੜੀਆਂ ਬਾਰ-ਬਾਰ ਸਾਡੇ ਸਰੋਤੇ ਪੁੱਛ ਰਹੇ ਸੀ ਵੀ ਲੋਕਲ ਜਿਹੜੀਆਂ ਵੋਟਾਂ ਆ ਉਹਨਾਂ ਦੇ ਜਿਹੜੇ ਰਿਜ਼ਲਟਸ ਆ ਉਹ ਕੀ ਆਏ ਹੈਗੇ ਆ। ਸੋ ਇੱਕ ਵਾਰੀ ਫਿਰ ਹਜੇ ਵੀ ਸਾਡੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਰੋਤੇ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਜੁੜੇ ਹੋਏ ਹੈਗੇ ਆ। ਤੇ ਉਹ ਮੈਨੂੰ ਲੱਗਦਾ ਵੀ ਚਾਹੁੰਦੇ ਆ ਵੀ ਫਾਈਨਲ ਰਿਜ਼ਲਟ ਹੀ ਜਿਹੜਾ ਆ ਸੁਣ ਕੇ ਜਾਈਏ ਜੀ। ਤੇ ਬਾਰ-ਬਾਰ ਹੁਣ ਇਹ ਜਿਹੜੀ ਨਿਊਜ਼ ਆ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਜਿੱਥੇ ਇਕੱਠੇ ਹੋਏ ਹੈਗੇ ਆ ਉਹਨਾਂ ਦੇ ਸਪੋਰਟਰਸ,
ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਆ। ਵੱਖ-ਵੱਖ ਜੋ ਲੋਕ ਹੈਗੇ ਆ, ਉਹਨਾਂ ਦੇ ਸਪੋਰਟਰਸ ਉੱਥੇ ਜੁੜੇ ਹੋਏ ਹੈਗੇ ਆ। ਨਿਊਜ਼ ਨੇਸ਼ਨ ਤਾਂ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਆ ਵੀ ਡੋਨਲਡ ਟਰੰਪ ਪ੍ਰੋਜੈਕਟਡ ਟੂ ਵਿਨ ਪ੍ਰੈਜ਼ੀਡੈਂਸੀ। ਜੀ, ਕਿਉਂਕਿ ਫੌਕਸ ਨੇ ਇਲੈਕਟਡ ਆਲਰੇਡੀ ਜਿਹੜਾ ਉਹ ਕਰ ਦਿੱਤਾ ਵੀ ਇਲੈਕਟਡ 47th ਪ੍ਰੈਜ਼ੀਡੈਂਟ ਜਿਹੜੇ ਉਹ ਹੋ ਚੁੱਕੇ ਆ। ਜੋਸ਼ ਹਾਰਡਰ, ਹਰਜੋਤ ਸਿੰਘ ਜੀ, ਉਹਨਾਂ ਦਾ ਵੀ ਦੱਸ ਜਾਈਏ, ਜਿਹੜੇ ਸਿੱਖ ਕਾਜ਼ ਦੇ ਵਿੱਚ ਉਹਨਾਂ ਨੇ ਸਾਥ ਜਿਹੜਾ ਦਿੱਤਾ ਸੀ, ਉਹ ਆਪਣੇ ਜਿਹੜੇ ਇਲੈਕਸ਼ਨ ਦੇ ਵਿੱਚ ਲੀਡ ਦੇ ਵਿੱਚ ਚੱਲ ਰਹੇ ਹੈਗੇ ਆ। ਸੋ ਜੋਸ਼ ਹਾਰਡਰ ਜਿਹੜੀ ਡਿਸਟ੍ਰਿਕਟ 9 ਤੋਂ ਸੀਗੇ, ਉਹ 59,719 ਦੇ ਨਾਲ ਪਹਿਲੇ ਨੰਬਰ ਦੇ ਉੱਤੇ ਜਿਹੜਾ ਉਹ ਲੀਡ ਬਣਾ ਕੇ ਉਹਨਾਂ ਨੇ ਰੱਖੀ ਹੈਗੀ ਆ। ਜੀ ਜੀ ਬਿਲਕੁਲ। ਸੋ ਸੈਨੇਟ ਦੇ ਵਿੱਚ ਆਲਰੇਡੀ ਜਿਹੜੀ ਮੈਜੋਰਿਟੀ ਆ ਉਹ ਰਿਪਬਲਿਕਨ ਲੈ ਗਏ ਆ। ਸੋ ਫਾਰ ਜਿੰਨੇ ਰਿਜ਼ਲਟ ਆਏ ਆ, 42 ਡੈਮੋਕ੍ਰੇਟਸ, 51 ਜਿਹੜੇ ਆ ਰਿਪਬਲਿਕਨਸ ਆ। ਟੋਟਲ 100 ਸੈਨੇਟਰ ਹੈਗੇ ਅਮਰੀਕਾ 'ਚ। ਹਾਊਸ ਦੇ ਵਿੱਚ ਜਿੰਨੇ ਰਿਜ਼ਲਟ ਆਏ ਆ 199, 189 ਰਿਪਬਲਿਕਨ ਤੇ 165 ਜੋ ਡੈਮੋਕ੍ਰੇਟਸ। ਜਿਹੜੇ ਗਵਰਨਰ ਆ 50 ਸੀਟਾਂ ਦੇ, ਉਹਨਾਂ ਦੇ ਵਿੱਚੋਂ 23 ਡੈਮੋਕ੍ਰੇਟਸ ਤੇ 27 ਜਿਹੜੇ ਰਿਪਬਲਿਕਨਸ ਆ। ਡੋਨਲਡ ਟਰੰਪ ਉਹਨਾਂ ਨੂੰ ਇੱਕ ਹੋਰ ਇਲੈਕਟਰਲ ਵੋਟ ਮਿਲੀ ਹੈਗੀ ਆ। ਸੋ ਟੋਟਲ ਹੁਣ ਡੋਨਲਡ ਟਰੰਪ ਉਹਨਾਂ ਦੇ ਕੋਲ 248 ਆ। ਕਮਲਾ ਹੈਰਿਸ ਉਹਨਾਂ ਦੇ ਕੋਲ 214 ਇਲੈਕਟਰਲ ਵੋਟਸ ਹੈਗੀਆਂ। ਜੀ ਬਿਲਕੁਲ। ਜਿਹੜੇ ਹੋਰ ਲੋਕਲ ਇਲੈਕਸ਼ਨਸ ਦਾ ਜਿਹੜਾ ਪੁੱਛ ਰਹੇ ਸੀਗੇ, ਸੈਕਰਾਮੈਂਟੋ ਦੇ ਇਲਾਕੇ ਦੇ ਵਿੱਚ, ਉਹ ਵੀ ਦੱਸਦੇ ਜਾਈਏ। ਸੈਕਰਾਮੈਂਟੋ ਦੇ ਮੇਅਰ ਦੇ ਵਿੱਚ ਕੈਵਿਨ ਮਕਾਰਟੀ ਜਿਹੜੇ ਆ ਉਹ 55% ਵੋਟਾਂ ਦੇ ਨਾਲ ਇਸ ਟਾਈਮ ਲੀਡ ਕਰ ਰਹੇ ਆ। ਸਿਟੀ ਆਫ ਐਲ ਗਰੋਵ ਦੇ ਵਿੱਚ ਜਿਹੜੀ ਪੰਜਾਬੀ ਮੂਲ ਦੀ ਜਿਹੜੀ ਮੇਅਰ ਆ ਬੌਬੀ ਐਲਨ ਸਿੰਘ, ਉਹ ਜਿੱਤੇ ਹੀ ਜਿਹੜੇ ਉਹ ਮੰਨੇ ਜਾ ਸਕਦੇ, ਕਿਉਂਕਿ ਜਿੱਤ ਹੀ ਗਏ ਆ। ਉਹਨਾਂ ਨੂੰ ਜਿਹੜੀਆਂ 70% ਵੋਟਾਂ ਜਿਹੜੀਆਂ ਉਹ ਪੈ ਗਈਆਂ। 23,212 ਜਿਹੜੇ ਉਹਨਾਂ ਦੇ ਦੂਜੇ ਨੰਬਰ ਦੇ ਉੱਤੇ ਆ ਬ੍ਰਾਇਨ ਪੈਸਟਰ, ਉਹ ਮਹਿਜ 6655 ਵੋਟਾਂ ਦੇ ਨਾਲ ਦੂਜੇ ਨੰਬਰ ਦੇ ਉੱਤੇ ਜਿਹੜੇ ਚੱਲ ਰਹੇ ਆ। ਸੋ ਮੇਅਰ ਆਫ ਐਲ ਗਰੋਵ ਦੇ ਵਿੱਚ ਬੌਬੀ ਐਲਨ ਸਿੰਘ ਜਿਹੜੇ ਆ ਉਹਨਾਂ ਨੇ ਬਾਜੀ ਮਾਰੀ ਹੈਗੀ ਆ। ਤੇ ਜਿਹੜਾ ਇੱਕ ਇਲੈਕਟਰਲ ਵੋਟ ਟਰੰਪ ਹੋਣੀ ਜਿੱਤੇ ਹੈਗੇ ਆ, ਉਹ ਸੈਕੰਡ ਕਾਂਗਰੈਸ਼ਨਲ ਡਿਸਟ੍ਰਿਕਟ ਮੇਨ ਦੇ ਵਿੱਚ ਆ। ਮੇਨ ਸਟੇਟ ਦੇ ਵਿੱਚ ਉਹਨਾਂ ਨੇ ਇੱਕ ਡਿਸਟ੍ਰਿਕਟ ਦੇ ਇੱਕ ਇਲੈਕਟਰਲ ਵੋਟ ਰੱਖੇ ਹੋਏ ਆ। ਸੋ ਇਸ ਕਰਕੇ ਉਹਨਾਂ ਦੇ ਜਿਹੜੇ 248 ਆ ਇਲੈਕਟਰਲ ਵੋਟਸ ਟਰੰਪ ਉਹਨਾਂ ਦੇ ਹੋ ਚੁੱਕੇ ਆ। ਤੇ ਜੇ ਉਹ ਪੈਂਸਿਲਵੇਨੀਆ ਸਟੇਟ ਜਿੱਤਦੇ ਆ ਤਾਂ 19 ਹੋਰ ਵੋਟਸ ਉਹਨਾਂ ਨੂੰ ਮਿਲ ਜਾਣੀਆਂ ਆ ਤੇ ਲਗਭਗ 267 ਹੋ ਜਾਣੀਆਂ। ਅਲਾਸਕਾ ਆਲਰੇਡੀ ਕਈ ਪ੍ਰੋਜੈਕਟ ਕਰ ਰਹੇ ਹੈਗੇ ਆ ਵੀ ਟਰੰਪ ਹੁਣੀ ਲੈ ਗਏ ਆ। ਉੱਥੇ ਦੇ ਜਿੱਤਣਾ ਸੀ, ਉੱਥੇ ਵੋਟਸ ਹੈਗੀਆਂ। ਉੱਥੇ ਦੀਆਂ 3 ਸੋ ਇਲੈਕਟਰਲ। ਜੇ ਅਲਾਸਕਾ ਤੇ ਪੈਂਸਿਲਵੇਨੀਆ 2 ਜਿੱਤ ਜਾਂਦੇ ਆ ਤੇ ਈਵਨ ਵਿਸਕੌਨਸਨ, ਮਿਸ਼ੀਗਨ, ਐਰੀਜ਼ੋਨਾ, ਨਵਾਡਾ ਵੀ ਨਹੀਂ ਜਿੱਤਦੇ, ਫੇਰ ਪ੍ਰੈਜ਼ੀਡੈਂਟ ਜਿਹੜੇ ਟਰੰਪ ਆ ਉਹ ਆਲਰੇਡੀ 47th ਪ੍ਰੈਜ਼ੀਡੈਂਟ ਅਮਰੀਕਾ ਦੇ ਹੋਣਗੇ। ਬਿਲਕੁਲ। ਸੋ 22 ਜਿਹੜੀਆਂ ਬਣ ਜਾਂਦੀਆਂ ਦੋਨੋਂ ਮਿਲਾ ਕੇ, ਤੇ 22 ਜਿਹੜੀਆਂ ਇਹਨਾਂ ਨੂੰ ਇਸ ਟਾਈਮ ਉਸ ਦੇ ਵਿੱਚ ਚਾਹੀਦੀਆਂ। ਉੱਦਾਂ ਜਿੱਦਾਂ ਦੱਸਿਆ ਵੀ ਕਈ ਜਿਹੜੇ ਖਾਸ ਕਰਕੇ ਰਾਈਟ ਵਾਲੇ ਜਿਹੜਾ ਮੀਡੀਆ ਆ, ਉਹ ਆਲਰੇਡੀ ਜਿਹੜਾ ਆ ਉਹਨਾਂ ਨੇ ਟਰੰਪ ਹੁਣਾਂ ਨੂੰ ਇਲੈਕਟਡ 47th ਪ੍ਰੈਜ਼ੀਡੈਂਟ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਹੈਗਾ ਆ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ। ਸੋ ਦੁਨੀਆ ਦੇ ਜਿਹੜੇ ਲੋਕ ਆ ਉਹ ਇਹਦੇ ਬਾਰੇ ਕੀ ਕਹਿ ਰਹੇ ਆ, ਕਿਉਂਕਿ ਕਈ ਮੁਲਕਾਂ ਦੇ ਵਿੱਚ ਆਲਰੇਡੀ ਜਿਹੜਾ ਦਿਨ ਆ ਟਾਈਮ ਡਿਫਰੈਂਸ ਦੇ ਨਾਲ ਚੜ ਚੁੱਕਾ ਆ। ਯੂਰਪ ਵਾਲੇ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਉੱਥੇ ਕਾਫੀ ਹਿਲਜੁਲ ਹੋਈ ਹੈਗੀ ਆ ਵੀ ਕਿਸ ਤਰ੍ਹਾਂ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਹੈਂਡਲ ਕਰਨਗੇ। ਤੇ ਜਿੱਥੇ ਜੰਗ ਚੱਲ ਰਹੀ ਹੈਗੀ ਆ ਯੂਕਰੇਨ ਤੇ ਰਸ਼ੀਆ ਦੇ ਵਿੱਚ, ਉਹ ਪੱਕੀ ਜਿਹੜੀ ਆ ਉਹ ਤਾਂ ਗਰੰਟਡ ਹੀ ਆ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਪਹਿਲੇ ਦਿਨ ਤੋਂ ਕਹਿ ਰਿਹਾ ਵੀ ਮੈਂ day 1 ਮੇਰੀ ਪ੍ਰਾਇੋਰਟੀ ਹੋਊਗੀ ਵੀ ਇਸ ਜਿਹੜੀ ਲੜਾਈ ਚੱਲ ਰਹੀ ਆ ਉਸ ਨੂੰ ਰੋਕਿਆ ਜਾਵੇ। ਜੀ ਤੇ ਜੀ ਆਪਣੇ ਨਾਲ ਦਵਿੰਦਰ ਸਿੰਘ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜਿੱਦਾਂ ਲੱਗ ਰਿਹਾ ਕਿ ਪ੍ਰੈਜ਼ੀਡੈਂਟ ਟਰੰਪ ਬਣ ਸਕਦੇ ਆਪਣੇ ਅਗਲੇ ਪ੍ਰੈਜ਼ੀਡੈਂਟ, ਮੈਂ ਇਹ ਪੁੱਛਣਾ ਚਾਹੁੰਦਾ ਇਹਦੇ ਨਾਲ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜੋ ਮੁੱਦਾ ਹੈਗਾ ਉਹਦੇ ਉੱਤੇ ਇਸ ਚੀਜ਼ ਦਾ ਕਿੰਨਾ ਕੁ ਫਰਕ ਪੈਣਾ, ਤੇ ਇੱਕ ਜਿਹੜਾ ਨਿਖਿਲ ਗੁਪਤਾ ਤੇ ਜਿਹੜਾ ਇਹ ਕੇਸ ਚੱਲ ਰਿਹਾ ਇੰਡੀਆ, ਕੈਨੇਡਾ ਤੇ ਅਮਰੀਕਾ ਦਾ, ਇਹਦੇ ਉੱਤੇ ਕਿੰਨਾ ਕੁ ਫਰਕ ਪੈ ਸਕਦਾ ਅਮਰੀਕਾ ਦੀ ਇੰਟੈਲੀਜੈਂਸ ਦੇ ਉੱਤੇ ਤੇ ਆਲ ਦੈਟ। ਜੀ ਥੈਂਕ ਯੂ।
ਥੈਂਕ ਯੂ। ਦੇਖੋ ਉਹ ਮੁੱਦਾ ਤਾਂ ਯੂਐਸ ਕਾਂਗਰਸ ਤੇ ਸੈਨੇਟ 'ਚ ਜਾਣਾ ਹੈ ਤੇ ਬਾਈ ਪਾਰਟੀਸ਼ਨ ਬਿੱਲ ਆ ਰਿਹਾ ਡੇਵਿਡ ਬਲਡਾਹੋ ਤੇ ਜਿਮ ਕੋਸਟਾ ਵੱਲੋਂ ਤੇ ਹੁਣ ਕੁਝ ਕਹਿ ਨਹੀਂ ਸਕਦੇ ਵੀ ਕੀ ਹੋਊਗਾ ਫਿਊਚਰ ਦੇ ਵਿੱਚ। ਤੇ ਦੂਸਰਾ ਕਿਹੜਾ ਸੀ ਰਾਜਕਨਵੀਰ ਸਿੰਘ ਜੀ? ਹਾਂਜੀ, ਜਿਹੜਾ ਨਿਖਿਲ ਗੁਪਤਾ ਦਾ ਕੇਸ ਨਿਖਿਲ ਗੁਪਤਾ ਨਹੀਂ, ਉਹਦੇ ਤੇ ਕੋਈ ਅਸਰ ਨਹੀਂ ਪੈਣਾ ਜੇ ਟਰੰਪ ਪ੍ਰੈਜ਼ੀਡੈਂਟ ਬਣਦੇ ਜਾਂ ਕਮਲਾ ਹੈਰਿਸ, ਕਿਉਂਕਿ ਆਲਰੇਡੀ ਉਹ ਕੋਰਟ ਦੇ ਵਿੱਚ ਆ ਤੇ ਕਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੀ ਨਹੀਂ ਚਾਹੂਗਾ ਵੀ ਅਮਰੀਕਨ ਸਿਟੀਜ਼ਨ ਨੂੰ ਦੂਸਰੀ ਸਰਕਾਰ ਇੱਥੇ ਆ ਕੇ ਮਾਰੇ। ਇਹ ਕਦੇ ਵੀ ਨਹੀਂ ਹੋ ਸਕਦਾ। ਸੋ ਉਹਦੇ ਉੱਤੇ ਨਹੀਂ ਕੋਈ ਅਸਰ ਪੈਣਾ ਹੈਗਾ ਜੀ। ਸੋ ਪ੍ਰੋਪੋਜੀਸ਼ਨ 36 ਅਪਰੂਵ ਹੋ ਗਈ ਆ। ਉਹਦੇ ਨਾਲ ਕਹਿੰਦੇ ਵੀ ਹੁਣ ਸਖਤ ਸਜ਼ਾਵਾਂ ਜੋ ਆ ਉਹ ਦਿੱਤੀਆਂ ਜਾਣਗੀਆਂ ਜਿਹੜੇ ਚੋਰ ਲੁਟੇਰੇ ਜਾਂ ਡਰੱਗ ਵੇਚਦੇ ਆ। 71% ਵੋਟਾਂ ਜਿਹੜੀਆਂ ਆ ਪ੍ਰੋਪੋਜੀਸ਼ਨ 36 ਦੇ ਹੱਕ ਵਿੱਚ ਪਈਆਂ ਆ। 52,44,351 ਤੇ 29% 21,82,319 ਜਿਹੜੀਆਂ ਆ ਉਹ ਨੋ ਦੇ ਵਿੱਚ ਪਈਆਂ ਹੈਗੀਆਂ। ਪ੍ਰੋਪੋਜੀਸ਼ਨ 47 ਜਿਹੜੀ ਇੱਕ ਦਹਾਕਾ ਪਹਿਲਾਂ ਪਾਸ ਕੀਤੀ ਗਈ ਸੀ, ਜਿਹਦੇ ਨਾਲ ਸਜ਼ਾਵਾਂ ਨੂੰ ਬਹੁਤ ਘਟਾਇਆ ਗਿਆ ਸੀ, ਉਹਦੇ ਨਾਲ ਜਿਹੜਾ ਕ੍ਰਾਈਮ ਆ ਉਹ ਬਹੁਤ ਜ਼ਿਆਦਾ ਵਧਿਆ ਹੈਗਾ। ਸੋ ਉਸ ਨੂੰ ਕੰਟਰੋਲ ਕਰਨ ਦੇ ਲਈ ਪ੍ਰੋਪੋਜੀਸ਼ਨ 36 ਆਈ ਸੀ। ਡੈਮੋਕ੍ਰੇਟਸ ਗਵਰਨਰ ਜਿਹੜੇ ਆ ਉਹਨਾਂ ਨੇ ਸਾਥ ਨਹੀਂ ਦਿੱਤਾ ਸੀ, ਪਰ ਇੱਥੋਂ ਤੁਸੀਂ ਲੋਕਾਂ ਦਾ ਗੁੱਸਾ ਦੇਖ ਸਕਦੇ ਆ ਵੀ 71% ਲੋਕਾਂ ਨੇ ਇਸ ਪ੍ਰੋਪੋਜੀਸ਼ਨ ਦੇ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ, ਤਾਂ ਕਿ ਜਿਹੜੇ ਕ੍ਰਾਈਮ ਕਰਦੇ ਆ ਡਰੱਗ ਤੇ ਥੈਫਟ ਕ੍ਰਾਈਮਸ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਉਹਨਾਂ ਦੇ ਉੱਤੇ ਜਿਹੜੀਆਂ ਫੈਲਨੀਜ਼ ਆ ਉਹ ਲਾਈਆਂ ਜਾ ਸਕਣ। ਜੀ ਬਿਲਕੁਲ। ਹਰਜੋਤ ਸਿੰਘ ਜੀ, ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਦੁਬਾਰਾ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜਾ ਉਹ ਜੁੜਦੇ ਹਾਂ ਤੇ ਪ੍ਰੋਗਰਾਮ ਨੂੰ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਰੈਪ ਅਪ ਵੱਲ ਨੂੰ ਜਿਹੜਾ ਉਹ ਵਧਾਂਗੇ ਜੀ।
ब्रेक तो बाद एक फिर आप सबका स्वागत है। इस वक्त प्रोग्राम चल रहा है जी इस टाइम खास 2024 इलेक्शन रिजल्ट्स प्रेजिडेंशियल इलेक्शन रिजल्ट्स ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਹਰਵਿੰਦਰ ਸਿੰਘ ਕੰਗ ਜੀ ਵੀ ਜੁੜ ਗਏ ਨੇ ਬ੍ਰੇਕ ਤੋਂ ਬਾਅਦ ਚ। ਜੀ ਹਰਵਿੰਦਰ ਕੰਗ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਹਰਜੋਤ ਸਿੰਘ। ਕਹਿੰਦੇ ਰਾਜਕਨਵੀਰ ਸਿੰਘ ਪ੍ਰੈਜ਼ੀਡੈਂਟ ਟਰੰਪ ਹੁਣੀ ਤਿਆਰੀ ਚ ਆ ਬੋਲਣ ਦੇ ਲਈ। ਬਿਲਕੁਲ ਜੀ, ਰੈਡੀ ਰੱਖਿਓ ਜੇ ਧਿਆਨ ਰੱਖਿਓ ਜੇ ਆਪਣਾ ਨਾਮ ਲਈਦੇ ਆ ਦੱਸਦੇ ਆ ਤਾਂ ਕੋਈ ਨਹੀਂ ਆਪਾਂ ਤੁਹਾਨੂੰ ਕਰਦੇ ਆ ਉਹਨਾਂ ਦੇ ਨਾਲ ਜੇ ਬੋਲਦੇ ਤਾਂ ਉਹ ਹੀ ਆਪਾਂ ਸੁਣਾ ਦਾਂਗੇ ਸਰੋਤਿਆਂ ਨੂੰ ਜ਼ਰੂਰ। ਨਿਊਯਾਰਕ ਟਾਈਮਸ ਰਿਪੋਰਟ ਕਰ ਰਿਹਾ ਵੀ ਈਵਨ ਦੋ ਅੱਜ ਕਈ ਜਗ੍ਹਾ ਦੇ ਉੱਤੇ ਬੰਬ ਥ੍ਰੈਟ ਵੀ ਹੋਈ ਸੀ, ਵਾਈਡ ਸਪਰੈਡ ਡਿਸਇਨਫੋਰਮੇਸ਼ਨ ਵੀ ਹੋਈ ਸੀ, ਸਿਕਿਉਰਿਟੀ ਲੈਪਸ ਵੀ ਹੋਇਆ ਮਿਲਵਾਕੀ ਚ, ਪਰ ਓਵਰਆਲ ਜਿਹੜੇ ਆ ਇਲੈਕਸ਼ਨ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਸਕਸੈਸਫੁਲੀ ਅਮਰੀਕਾ ਦੇ ਵਿੱਚ ਜਿਹੜੀ ਕੰਪਲੀਟ ਹੋਈ ਹੈਗੀ ਆ। ਮੈਜੋਰਟੀ ਆਫ ਅਮਰੀਕਨਸ ਕਹਿੰਦੇ ਵੀ ਵੋਟ ਪਾਉਣ ਦੇ ਵਿੱਚ ਕਾਮਯਾਬ ਹੋਏ ਆ। ਈਵਨ ਦੋ ਕੁਛ ਕਾਉਂਟੀ ਜਾਰਜੀਆ ਦੇ ਵਿੱਚ ਉੱਥੇ ਇਲੈਕਸ਼ਨ ਕੁਝ ਸਮੇਂ ਦੇ ਲਈ ਰੋਕਣੀ ਪਈ ਸੀ ਬੰਬ ਥ੍ਰੈਟ ਕਰਕੇ। ਜੀ ਜੀ ਬਿਲਕੁਲ। ਸੋ ਰਾਈਟ ਨਾਓ ਜਿਹੜੇ ਡੋਨਲਡ ਟਰੰਪ ਆ ਉਹ ਪ੍ਰੋਜੈਕਟਡ ਨੇ 47ਵੇਂ ਜਿਹੜੇ ਰਾਸ਼ਟਰਪਤੀ ਆ ਉਹ ਅਮਰੀਕਾ ਦੇ ਜਿਹੜੇ ਉਹ ਬਣਨ ਦੇ ਲਈ। ਸੋ ਇਹ ਜਿਹੜੀ ਆਪਣੇ ਸਾਹਮਣੇ ਜਿਹੜਾ ਉਹ ਚੀਜ਼ ਆ ਰਹੀ ਆ। ਸੋ ਹੁਣ ਤਾਂ ਹਰਜੋਤ ਸਿੰਘ ਜੀ ਆਈ ਵੁੱਡ ਸੇ ਵੀ ਤਕਰੀਬਨ ਤੈਅ ਹੀ ਆ ਵੀ ਜਿਹੜੇ ਟਰੰਪ ਹੋਣੀ ਆ ਇਸ ਵਾਰ 2024 ਦੀਆਂ ਜਿਹੜੀਆਂ ਇਲੈਕਸ਼ਨਸ ਆ ਉਸ ਨੂੰ ਜਿਹੜਾ ਉਹ ਵਿਨ ਜਿਹੜਾ ਉਹ ਕਰ ਰਹੇ ਆ। ਚਾਹੇ ਕਈਆਂ ਨੇ ਜਿੱਦਾਂ ਐਸੋਸੀਏਟ ਪ੍ਰੈਸ ਵਗੈਰਾ ਨੇ ਅਜੇ ਤੱਕ ਇਹਨਾਂ ਨੇ ਜਿਹੜਾ ਐਲਾਨਿਆ ਨਹੀਂ ਹੈਗਾ ਪੈਨਸਿਲਵੇਨੀਆ, ਮਿਸ਼ੀਗਨ, ਵਿਸਕੌਨਸਨ, ਐਰੀਜ਼ੋਨਾ ਤੇ ਨਵਾਡਾ ਨੂੰ, ਪਰ ਉਹਨਾਂ ਦੀ ਜਿਹੜੀ ਲੀਡ ਆ ਕਾਫੀ ਸਬਸਟੈਂਸ਼ੀਅਲ ਇਸ ਦੇ ਵਿੱਚ ਬਣ ਚੁੱਕੀ ਆ, ਜਿਸ ਦੇ ਨਾਲ ਇਹੀ ਨਜ਼ਰ ਆ ਰਿਹਾ ਵੀ ਟਰੰਪ ਹੁਣੀ 270 ਦੇ ਜਿਹੜੇ ਜਾਦੂਈ ਆંકੜੇ ਆ ਉਸ ਨੂੰ ਆਸਾਨੀ ਦੇ ਨਾਲ ਪਾਰ ਜਿਹੜਾ ਉਹ ਕਰ ਦੇਣਗੇ। ਐਸੋਸੀਏਟ ਪ੍ਰੈਸ ਅਜੇ ਵੀ ਕਹਿ ਰਿਹਾ ਆ ਮਿਸ਼ੀਗਨ, ਵਿਸਕੌਨਸਨ, ਪੈਨਸਿਲਵੇਨੀਆ ਇਹ ਤਿੰਨੇ ਅਜੇ ਰੇਸਿਸ ਟੂ ਅਰਲੀ ਟੂ ਕਾਲ ਹੈਗੀ ਹੈ। ਹਾਂਜੀ, ਇਹਦੇ ਵਿੱਚ ਇੱਕ ਚੀਜ਼ ਹੈ ਨਾ ਕਿ ਵਿਸਕੌਨਸਨ ਦੀ ਆਪਾਂ ਗੱਲ ਕਰੀਏ ਤੇ ਵਿਸਕੌਨਸਨ ਤਕਰੀਬਨ 90% ਰਿਪੋਰਟਿੰਗ ਆ ਤੇ ਉਹਦੇ ਵਿੱਚ ਤੇ ਦੇਖਣ ਨੂੰ ਭਾਵੇਂ ਕਿ ਗਿਣਤੀ ਦੇ ਅਕੋਰਡਿੰਗਲੀ ਤੁਸੀਂ ਉਹਨੂੰ ਨਾ ਦੇਖੋ ਤੇ 1.25 ਲੱਖ ਵੋਟ ਦਾ ਹੀ ਫਰਕ ਆ, ਪਰ ਪਰਸੈਂਟੇਜ ਦੇ ਅਕੋਰਡਿੰਗਲੀ 51 ਵਰਸਸ 40 ਤੇ ਬਿਲਕੁਲ ਥੋੜੀ ਜਿਹੀ ਗਿਣਤੀ ਜਿਹੜੀ ਵੋਟ ਰਹਿ ਗਈ ਤੇ ਇਹਦੇ ਵਿੱਚ ਇਹ ਦੇਖਣ ਨੂੰ ਲੱਗਦਾ ਕਿ ਵਿਸਕੌਨਸਨ ਦੇ ਵਿੱਚ ਵੀ ਜਿਹੜੀ ਆ ਉਹ ਬਾਜੀ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਮਾਰ ਜਾਣਗੇ। ਮਿਸ਼ੀਗਨ ਦੀ ਆਪਾਂ ਗੱਲ ਕਰਦੇ ਜਿੱਥੇ 15 ਇਲੈਕਟੋਰਲ ਵੋਟ ਆ ਉੱਥੇ ਅਜੇ ਫਿਰ ਵੀ ਮੈਨੂੰ ਲੱਗਦਾ ਕਿ ਥੋੜਾ ਮਾਰਜਿਨ ਹੈ, 70% ਕਾਊਂਟਿੰਗ ਹੋਈ ਆ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ 52.4% ਤੇ ਕਮਲਾ ਹੈਰਿਸ 45.9%। ਪਰਸੈਂਟੇਜ ਵਾਈਜ਼ ਸਿਗਨੀਫੀਕੈਂਟ ਫਰਕ ਆ, ਪਰ ਫਿਰ ਵੀ 30% ਦਾ ਫਰਕ ਆ। ਪਰ ਜਿਹੜੀ ਆਪਾਂ ਪੈਨਸਿਲਵੇਨੀਆ ਦੀ ਗੱਲ ਕਰਦੇ ਹਾਂ ਜਿੱਥੇ ਕਿ 19 ਇਲੈਕਟੋਰਲ ਵੋਟ ਆ ਉੱਥੇ 51% ਵਰਸਸ 48% ਚੱਲਦੀ ਪਈ ਆ ਤੇ ਜਿਹੜੀ 95% ਰਿਪੋਰਟਿੰਗ ਹੋ ਚੁੱਕੀ। ਸੋ ਇਹਨੂੰ ਆਪਾਂ ਕਾਫੀ ਕਲੋਜ਼ ਇਸ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਵੀ ਇਹ ਹੈਗੀ ਆ। ਪਰ ਜਿਹੜੀ ਇਹ ਸਾਰੀਆਂ ਜਿਹੜੀਆਂ ਸਵਿੰਗ ਸਟੇਟਸ ਕਹਿ ਲਓ ਜਾਂ ਕੀ ਰੇਸ ਸਟੇਟਸ ਕਹਿ ਲਓ ਇਹਦੇ ਵਿੱਚ ਰਿਪਬਲਿਕਨ ਪਾਰਟੀ ਜਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਅੱਗੇ ਜਾ ਰਿਹਾ, ਜਦ ਇਹ ਦੇਖਣ ਨੂੰ ਆਪਾਂ ਨੂੰ ਲੱਗਦਾ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਅਗਲੇ ਪ੍ਰੈਜ਼ੀਡੈਂਟ ਬਣ ਜਾ ਰਹੇ ਆ। ਪਰ ਅਗੇਨ ਇਹ ਸਿਰਫ ਟ੍ਰੈਂਡ ਆ ਜਾਂ ਦੇਖਣ ਨੂੰ ਲੱਗਦਾ, ਅਜੇ ਇਹਨਾਂ ਨੂੰ ਕਾਲ ਨਹੀਂ ਕੀਤਾ ਗਿਆ।
ਜੀ ਬਿਲਕੁਲ, ਫੌਕਸ ਵਗੈਰਾ ਚੈਨਲ ਜਿਹੜੇ ਆ ਉਹਨਾਂ ਨੇ ਪੈਂਸਿਲਵੇਨੀਆ ਨੂੰ ਕਾਲ ਕਰ ਦਿੱਤਾ ਆ, ਪਰ ਉਹ ਆਪਾਂ ਨੂੰ ਪਤਾ ਆ ਵੀ ਥੋੜਾ ਉਹਨਾਂ ਦਾ ਝੁਕਾਅ ਰਿਪਬਲਿਕਨ ਵੱਲ ਹੈਗਾ। ਐਸੋਸੀਏਟਡ ਪ੍ਰੈਸ ਨਿਊਟਰਲ ਹੈਗਾ। ਉਹਨਾਂ ਨੇ ਹਜੇ ਜਿਹੜੀਆਂ ਇਹ ਰੇਸਿਸ ਆ ਵਿਸਕੌਨਸਨ, ਮਿਸ਼ੀਗਨ, ਪੈਂਸਿਲਵੇਨੀਆ, ਐਰੀਜ਼ੋਨਾ, ਨਵਾਡਾ ਤੇ ਅਲਾਸਕਾ, ਇਹ ਹਜੇ ਇਹਨਾਂ ਦਾ ਡਿਸਾਈਡ ਨਹੀਂ ਕੀਤਾ। ਮਿਨੇਸੋਟਾ 'ਚ ਕਮਲਾ ਹੈਰਿਸ ਹੁਣੀ ਅੱਗੇ ਆ, ਉਹ ਵੀ ਜਿਹੜੀ ਆ ਫਾਈਨਲ ਹਜੇ ਉਹ ਨਹੀਂ ਹੋਈ। ਉੱਥੇ ਦੇ 10 ਵੋਟਸ ਹੈਗੀਆਂ। ਅਲਾਸਕਾ ਦੀਆਂ ਜਿਹੜੀਆਂ 3 ਹੈਗੀਆਂ ਇਸ ਟਾਈਮ ਦੇ ਉੱਤੇ। ਸੋ ਜਿੰਨੇ ਕੁ ਰੁਝਾਨ ਆ ਰਹੇ ਹੈਗੇ ਆ, ਉਹ ਤੋਂ ਇਹੀ ਲੱਗਦਾ ਹੈਗਾ ਵੀ ਟਰੰਪ ਹੁਣੀ ਪ੍ਰੈਜ਼ੀਡੈਂਟ ਬਣਨ ਜਾ ਰਹੇ ਆ, ਕਿਉਂਕਿ 248 ਇਲੈਕਟਰਲ ਵੋਟਸ ਉਹਨਾਂ ਦੇ ਕੋਲ ਆਲਰੇਡੀ ਮਿਲ ਚੁੱਕੀਆਂ ਉਹਨਾਂ ਨੂੰ 217 ਦੇ ਵਿੱਚੋਂ। ਸੋ ਉਹਨਾਂ ਨੂੰ 22 ਵੋਟਾਂ ਹੀ ਹੋਰ ਚਾਹੀਦੀਆਂ ਆ। ਮਿਸ਼ੀਗਨ, ਵਿਸਕੌਨਸਨ ਤੇ ਪੈਂਸਿਲਵੇਨੀਆ, ਇਹਨਾਂ ਦੇ ਵਿੱਚ ਕਾਫੀ ਫਰਕ ਦੇ ਨਾਲ ਉਹ ਲੀਡ ਤੇ ਆ। ਐਰੀਜ਼ੋਨਾ ਦੇ ਵਿੱਚ ਵੀ ਹਾਲਾਂਕਿ ਲੀਡ ਤੇ ਹੀ ਆ, ਨਵਾਡਾ ਦੇ ਵਿੱਚ ਵੀ ਤੇ ਅਲਾਸਕਾ ਦੇ ਵਿੱਚ ਵੀ। ਸੋ ਐਸੋਸੀਏਟਡ ਪ੍ਰੈਸ ਜਿਹੜੀ ਆ ਉਹ ਮਿਸ਼ੀਗਨ ਦੀ ਇੱਕ ਵੇਨ ਕਾਉਂਟੀ ਤੇ ਵਿਸਕੌਨਸਨ ਦੀ ਮਿਲਵਾਕੀ ਕਾਉਂਟੀ, ਜੀ ਜਿਹੜੇ ਜਿੱਥੇ 2 ਡੈਮੋਕ੍ਰੈਟਿਕ ਹਾਊਸ ਸਟਰੋਂਗ ਹੋਲਡਸ ਹੈਗੇ ਆ, ਉਹਨਾਂ ਦੇ ਜਿਹੜੇ ਰਿਜ਼ਲਟਸ ਆ ਉਹਨਾਂ ਦੀ ਵੇਟ ਕਰ ਰਹੀ ਆ। ਕਹਿੰਦੇ ਵੀ ਸਲਿਮ ਚਾਂਸ ਆ ਉਹਨਾਂ ਦੇ ਕੋਲ, ਕਮਲਾ ਹੈਰਿਸ ਦੇ ਕੋਲ ਜਿੱਤਣ ਦਾ ਬਹੁਤ ਥੋੜਾ ਜਿਹਾ ਚਾਂਸ ਹੈਗਾ ਆ। ਪਰ ਉਹ ਕਹਿੰਦੇ ਵੀ ਆਈ ਹੈਵ ਫੇਥ, ਇਹ ਲੋਕ ਕਹਿ ਰਹੇ ਹੈਗੇ ਆ। ਪਰ ਕਮਲਾ ਹੈਰਿਸ ਹੋਣੀ ਜਿੱਥੇ ਉਹਨਾਂ ਦੇ ਸਪੋਰਟਰ ਇਕੱਠੇ ਹੋਏ ਆ, ਉੱਥੇ ਉਹ ਨਹੀਂ ਪਹੁੰਚੇ ਹੈਗੇ। ਆਪਣੇ ਜਿਹੜੇ ਉਹਨਾਂ ਦੇ ਸਹਾਇਕ ਹੈਗੇ ਉਹਨਾਂ ਨੂੰ ਹੀ ਉੱਥੇ ਭੇਜਿਆ ਹੈਗਾ। ਪਰ ਜਿੱਥੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਆ, ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਦੇ ਸਪੋਰਟਰਸ ਆ ਉਹ ਪਹੁੰਚੇ ਹੋਏ ਹੈਗੇ। ਜੀ ਬਿਲਕੁਲ। ਇੱਕ ਹੋਰ ਬਹੁਤ ਹੀ ਇੱਕ ਕੀ ਚੀਜ਼ ਜਿਹੜੀ ਆ ਉਹ ਦੇਖਣ ਨੂੰ ਮਿਲੀ ਆ, ਜੋ ਬਾਈਡਨ ਨੂੰ ਲਾਂਭੇ ਕਰਕੇ ਕਮਲਾ ਹੈਰਿਸ ਨੂੰ ਲਿਆਂਦਾ ਗਿਆ ਸੀਗਾ। ਉਹ ਆਪਾਂ ਨੂੰ ਪਤਾ ਹੈ ਵੀ ਉਦੋਂ ਸਾਰਾ ਕੁਛ ਕੀ ਜਿਹੜਾ ਉਹ ਵਾਪਰਿਆ। ਹੁਣੇ ਜਿਹੜਾ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ, ਕਿਸੇ ਵੀ ਕਾਉਂਟੀ ਦੇ ਵਿੱਚ ਕਮਲਾ ਹੈਰਿਸ ਨੇ ਜੋ ਬਾਈਡਨ ਨੂੰ ਆਊਟ ਪਰਫਾਰਮ ਨਹੀਂ ਕੀਤਾ। ਉਹਨਾਂ ਤੋਂ ਜਿਹੜਾ ਆ ਉਹਨਾਂ ਦਾ ਓਵਰਆਲ ਨਤੀਜਾ ਜੋ 2020 ਦੀਆਂ ਇਲੈਕਸ਼ਨ ਦੇ ਰਿਜ਼ਲਟ ਸੀ ਉਹਦੇ ਕੋਲੋਂ ਮਾੜਾ ਰਿਹਾ ਆ। ਪਾਪੂਲਰ ਵੋਟਸ ਦੇ ਵਿੱਚ, ਜਿਹਦੇ ਵਿੱਚ ਅਕਸਰ ਆਖਿਆ ਜਾਂਦਾ ਵੀ ਡੈਮੋਕ੍ਰੇਟ ਪਾਰਟੀ ਵਾਲੇ ਜਿਹੜੇ ਕੈਂਡੀਡੇਟ ਆ ਉਹ ਹਮੇਸ਼ਾ ਜ਼ਿਆਦੀਆਂ ਜਿੱਤਦੇ ਆ, ਇਸ ਵਾਰ ਤਾਂ 5 ਮਿਲੀਅਨ ਵੋਟ ਦੇ ਨਾਲ ਟਰੰਪ ਹੁਣੀ ਜਿਹੜੇ ਉਹ ਅੱਗੇ ਚੱਲ ਰਹੇ ਆ। ਅਜੇ ਪਤਾ ਆਪਾਂ ਨੂੰ ਮਿਲੀਅਨਸ ਆਫ ਵੋਟਸ ਓਵਰਆਲ ਸਾਰੇ ਸਟੇਟਸ ਦੇ ਵਿੱਚ ਜਿਹੜੀਆਂ ਮਿਲਾ ਕੇ ਆ ਉਹ ਕਾਊਂਟ ਹੋਣ ਵਾਲੀਆਂ ਜਿਹੜੀਆਂ ਉਹ ਪਈਆਂ ਨੇ। ਸੋ CNN ਰਿਪੋਰਟ ਕਰ ਰਿਹਾ 266 ਡੋਨਲਡ ਟਰੰਪ ਤੇ 188 ਜਿਹੜੀ ਕਮਲਾ ਹੈਰਿਸ। ਸੋ ਉੱਥੇ ਹੁਣ ਜਦੋਂ CNN ਵਾਲੇ ਵੀ ਕਹਿਣ ਲੱਗ ਜਾਣ ਤਾਂ ਫਿਰ ਕਿਤੇ ਨਾ ਕਿਤੇ ਜਿਹੜਾ ਉਹ ਪਤਾ ਲੱਗਦਾ ਹੀ ਆ ਵੀ ਇਹ ਸਾਰਾ ਕੁਝ ਉੱਦਾਂ ਚੱਲ ਰਿਹਾ। ਜੀ ਨਿਊਯਾਰਕ ਟਾਈਮਸ ਵੀ ਕਹਿ ਰਿਹਾ ਕਿ ਜਿਹੜੇ ਚਾਂਸ ਆਫ ਵਿਨਿੰਗ ਆ ਡੋਨਲਡ ਟਰੰਪ ਦੇ ਉਹ 95% ਤੋਂ ਜ਼ਿਆਦਾ, ਗ੍ਰੇਟਰ ਦੈਨ 95% ਚਾਂਸ ਆਫ ਵਿਕਟਰੀ ਆ। ਸੋ ਆਲਮੋਸਟ ਜਿੰਨੀਆਂ ਵੀ ਅਸੀਂ, ਚਲੋ ਫੌਕਸ ਨਿਊਜ਼ ਦੀ ਆਪਾਂ ਪਹਿਲਾਂ ਗੱਲ ਕਰ ਲਈ, CNN ਦੀ ਗੱਲ ਕੀਤੀ, ਨਿਊਯਾਰਕ ਟਾਈਮਸ ਦੀ ਆਪਾਂ ਗੱਲ ਕਰਦੇ ਆ। ਸੋ ਸਾਰੀ ਇਹ ਚਾਂਸ ਕਰ ਰਹੇ ਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹ ਬਿਲਕੁਲ ਨਜ਼ਦੀਕ ਵਿਕਟਰੀ ਦੇ ਉੱਤੇ। ਬਿਲਕੁਲ ਜੀ ਬਿਲਕੁਲ। ਜੇ ਸਰੋਤਿਆਂ ਨੂੰ ਦੱਸਦੇ ਜਾਈਏ, ਹੁਣ ਤੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਵੋਟਾਂ ਆ ਉਹ ਕਾਊਂਟ ਹੋ ਚੁੱਕੀਆਂ ਹੈਗੀਆਂ। 140 ਮਿਲੀਅਨ ਦੇ ਕਰੀਬ ਜਿਹੜੀਆਂ ਵੋਟਾਂ ਆ ਉਹ ਕਾਊਂਟ ਹੋ ਚੁੱਕੀਆਂ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕੋਲ 51.2% ਤੇ ਕਮਲਾ ਹੈਰਿਸ ਦੇ ਕੋਲ 47.4%। ਸੋ ਸਿਰਫ 22 ਜਿਹੜੇ ਇਲੈਕਟਰਲ ਵੋਟਸ ਉਹਨਾਂ ਨੂੰ ਚਾਹੀਦੇ ਆ ਐਸੋਸੀਏਟਡ ਪ੍ਰੈਸ ਦੇ ਮੁਤਾਬਕ। ਹਾਲਾਂਕਿ ਕਈ ਚੈਨਲਸ ਨੇ ਉਹਨਾਂ ਨੂੰ 266 ਤੱਕ ਦਾ ਨੰਬਰ ਜਿਹੜਾ ਉਹ ਦੇ ਦਿੱਤਾ ਹੈਗਾ। ਸੋ ਪੈਂਸਿਲਵੇਨੀਆ ਮੈਨੂੰ ਲੱਗਦਾ ਆ ਵੀ ਹਰਵਿੰਦਰ ਜੀ 95% ਵੋਟਾਂ ਕਾਊਂਟ ਹੋ ਚੁੱਕੀਆਂ ਆ ਤੇ ਡੋਨਲਡ ਟਰੰਪ ਤੇ ਕਮਲਾ ਹੈਰਿਸ ਦੀਆਂ ਵੋਟਾਂ ਦੇ ਵਿੱਚ ਲਗਭਗ 2 ਲੱਖ ਵੋਟ ਦਾ ਫਰਕ ਆ। ਸੋ ਇਹ ਹੁਣ ਕੱਢਣਾ ਜਿਹੜਾ ਕਾਫੀ ਔਖਾ ਹੋਊਗਾ। ਜੀ ਬਿਲਕੁਲ। ਆਪਾਂ ਸੈਨੇਟ ਦੀ ਗੱਲ ਕਰਦੇ ਹਾਂ ਤੇ ਸੈਨੇਟ ਦੇ ਵਿੱਚ ਰਿਪਬਲਿਕਨ ਪਾਰਟੀ ਕੋ 51 ਕਲੀਅਰ ਮੈਜੋਰਿਟੀ ਉਹਨਾਂ ਕੋਲ ਆ ਗਈ ਹੈ। 50 ਦਾ ਮੈਜੋਰਿਟੀ ਦਾ ਅੰਕੜਾ ਉਹਨਾਂ ਪਾਰ ਕਰ ਲਿਆ। ਅਸੀਂ ਹਾਊਸ ਦੀ ਗੱਲ ਕਰੀਏ ਤੇ ਉੱਥੇ ਵੀ ਰਿਪਬਲਿਕਨ ਪਾਰਟੀ ਕੋਲ 190 ਸੀਟਾਂ, ਡੈਮੋਕ੍ਰੈਟ ਕੋਲ 166 ਸੀਟਾਂ, 218 ਚਾਹੀਦੇ ਮੈਜੋਰਿਟੀ ਦੇ ਲਈ।
ਸੋ ਜਿਹੜੇ ਰਿਪਬਲਿਕਨ ਪਾਰਟੀ ਆ ਉਹ ਮਚ ਕਲੋਜ਼ਰ ਆ ਮੈਜੋਰਿਟੀ ਦੇ ਡੈਮੋਕ੍ਰੇਟਸ ਦੇ ਨਾਲੋਂ, ਪਰ ਇਹ ਵੀ ਅਸੀਂ ਲੈ ਕੇ ਕਿ ਜਿਹੜੀ ਵੈਸਟ ਦੀਆਂ ਸਟੇਟਸ ਹੈਗੀਆਂ ਉਹਨਾਂ ਦੀ ਕਾਊਂਟਿੰਗ ਜਿਹੜੀ ਆ ਉਹ ਲੇਟ ਸ਼ੁਰੂ ਹੁੰਦੀ ਆ। ਸੋ ਸਟੇਟ ਦੀ ਅਸੀਂ ਪਹਿਲਾਂ ਗੱਲ ਨਹੀਂ ਸੀ ਕੀਤੀ, ਉੱਥੋਂ ਦੇ ਜਿਹੜੇ ਡੈਮੋਕ੍ਰੈਟਿਕ ਗਵਰਨਰ ਆ ਬੌਬ ਫਰਗੂਸਨ ਉਹ ਜਿੱਤ ਚੁੱਕੇ ਆ। ਸੋ ਜਿਹੜੇ ਵਾਸ਼ਿੰਗਟਨ ਸਟੇਟ ਦੇ ਸਾਡੇ ਸਰੋਤੇ ਜਾਂ ਵਿਊਅਰਸ ਨੇ ਸਾਨੂੰ ਕਾਲ ਕੀਤੀ ਸੀ, ਸੋ ਮੈਨੂੰ ਲੱਗਦਾ ਕਿ ਜਿਹੜੀ ਪਾਲਿਸੀਜ਼ ਪਹਿਲਾਂ ਵੀ ਚੱਲ ਰਹੀਆਂ ਸੀ ਸ਼ਾਇਦ ਆਉਣ ਵਾਲਾ ਸਮਾਂ ਵੈਸੇ ਦੱਸੂਗਾ ਕਿੱਦਾਂ ਦੀ ਲੈ ਕੇ ਆਉਂਦੇ ਆ, ਪਰ ਡੈਮੋਕ੍ਰੇਟਸ ਨੂੰ ਵਾਸ਼ਿੰਗਟਨ ਵਾਲਿਆਂ ਨੇ ਜਿਹੜੀ ਆ ਉਹ ਜਿੱਤ ਦਿੱਤੀ ਆ। ਹੋ ਸਕਦਾ ਜੋ ਅੱਜ ਸਭ ਕੁਝ ਚੱਲ ਰਿਹਾ ਤੋਂ ਕੁਝ ਸਬਕ ਲੈ ਕੇ ਇਸੇ ਤਰ੍ਹਾਂ ਨਾਰਥ ਕੈਰੋਲਾਈਨਾ ਦੇ ਵਿੱਚ ਵੀ ਜੋਸ਼ ਸਟੇਨ ਤੇ ਡੈਲਾਵੇਅਰ ਦੇ ਵਿੱਚ ਮੈਟ ਮੇਅਰ ਉੱਥੋਂ ਦੇ ਗਵਰਨਰ ਚੁਣੇ ਗਏ ਆ, ਤੇ ਬਾਕੀ ਜਿੰਨੀਆਂ ਵੀ ਸਟੇਟ ਸੀ ਉਹਨਾਂ ਦੇ ਵਿੱਚ ਤੇ ਇੱਕ ਨਾਰਥ ਕੈਰੋਲਾਈਨਾ ਤੇ ਇਹਨਾਂ 3 ਸਟੇਟਾਂ ਨੂੰ ਛੱਡ ਕੇ ਬਾਕੀ ਜਿੰਨਾਂ ਸਟੇਟਾਂ ਦੇ ਵਿੱਚ ਸਟੇਟ ਇਲੈਕਸ਼ਨ ਸੀ ਉਹਨਾਂ ਦੇ ਵਿੱਚ ਰਿਪਬਲਿਕਨ ਗਵਰਨਰ ਚੁਣੇ ਗਏ ਆ, ਜਿਨ੍ਹਾਂ ਵਿੱਚ ਮੋਂਟਾਨਾ, ਨਾਰਥ ਡੈਕੋਟਾ, ਯੂਟਾ, ਮਿਜ਼ੂਰੀ, ਇੰਡੀਆਨਾ, ਵੈਸਟ ਵਰਜੀਨੀਆ, ਨਿਊ ਹੈਂਪਸ਼ਾਇਰ ਤੇ ਵਰਮੌਂਟ, ਇਹ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਆ ਰਿਪਬਲਿਕਨ ਗਵਰਨਰ ਜਿਹੜੇ ਆ ਉਹ ਚੁਣੇ ਗਏ। ਸੋ ਟੋਟਲ ਅਮਰੀਕਾ ਦੇ ਵਿੱਚ ਰਿਪਬਲਿਕਨ ਗਵਰਨਰ 27 ਆ, 27 ਤੇ ਡੈਮੋਕ੍ਰੈਟਿਕ ਗਵਰਨਰ ਜਿਹੜੇ ਆ 23 ਸਟੇਟਾਂ ਦੇ ਵਿੱਚ ਹੈਗੇ ਆ ਜੀ। ਸੋ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਬਣਨ ਜਾ ਰਹੇ ਆ। ਜਿਹੜਾ ਗੋਦੀ ਮੀਡੀਆ ਆ ਉਹਨਾਂ ਨੇ ਆਲਰੇਡੀ ਸਟੋਰੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਮੋਦੀ ਤੇ ਟਰੰਪ ਦੇ ਯਾਰੀ। ਨਹੀਂ, ਐਜ਼ ਏ ਸਿੱਖ ਆਪਾਂ ਨੂੰ ਜਿਹੜਾ ਇਹ ਜ਼ਰੂਰ ਦੇਖਣ ਵਾਲੀ ਜਿਹੜੀ ਗੱਲ ਰਹੇਗੀ ਵੀ ਇਹਨਾਂ ਦਾ ਆਪਸੀ ਜਿਹੜਾ ਉਹ ਤਾਲਮੇਲ ਕਿੱਦਾਂ ਦਾ ਰਹਿੰਦਾ ਆ, ਉਹ ਕਿੱਦਾਂ ਰਹਿੰਦਾ ਆ। ਜਿਹੜੇ ਸਿੱਖ ਕੌਜ਼ ਅੱਗੇ ਵਧੇ ਆ ਉਹ ਪਛੜਦੇ ਨੇ, ਉਹ ਅੱਗੇ ਵੱਧਦੇ ਨੇ। ਇਹ ਇੱਕ ਬਹੁਤ ਇੰਪੋਰਟੈਂਟ ਇਸ਼ੂ ਜਿਹੜਾ ਉਹ ਸਿੱਖਾਂ ਦੇ ਲਈ ਜਿਹੜਾ ਉਹ ਰਹਿਣ ਵਾਲਾ ਹੈਗਾ ਆ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਹੈ। ਜਿਸ ਤਰੀਕੇ ਦੇ ਨਾਲ ਬਾਈਡਨ ਹੁਣਾਂ ਨੇ ਨਕੇਲ ਜੀ ਜਿਹੜੀ ਕੱਸੀ ਸੀਗੀ ਮੋਦੀ ਹੁਣਾਂ ਦੀ, ਜਿਸ ਤਰੀਕੇ ਦੇ ਨਾਲ ਉਹਨਾਂ ਦੀ ਬਾਂਹ ਜਿਹੜੀ ਉਹ ਮਰੋੜੀ ਸੀ, ਉਹ ਉਸੇ ਪਾਲਿਸੀ ਦੇ ਉੱਤੇ ਚੱਲਣਗੇ ਜਾਂ ਉਹਦੇ ਵਿੱਚ ਉਹਨਾਂ ਨੇ ਚੇਂਜਸ ਜਿਹੜੇ ਉਹ ਲਿਆਉਣੇ ਆ। ਇਹ ਜਿਹੜੀ ਉਹ ਦੇਖਣ ਵਾਲੀ ਗੱਲ ਆ। ਡੈਮੋਕ੍ਰੇਟਸ ਦੇ ਜੇ ਆਪਾਂ ਹਰਜੋਤ ਸਿੰਘ ਜੀ ਐਨਾਲਿਸਿਸ ਜਿਹੜਾ ਕਰਦੇ ਜਾਈਏ, ਲੂਜ਼ ਕਰਨ ਦੇ ਵਿੱਚ ਜਿਹੜੀ ਇਜ਼ਰਾਈਲ ਦੀ ਵਾਰ ਆ ਉਹਦਾ ਵੀ ਇੱਕ ਵੱਡਾ ਜਿਹੜਾ ਉਹ ਹੱਥ ਰਿਹਾ, ਯੂਕਰੇਨ ਦੀ ਵਾਰ ਆ ਉਸ ਦਾ ਵੀ ਇੱਕ ਬਹੁਤ ਵੱਡਾ ਜਿਹੜਾ ਉਹ ਹੱਥ ਰਿਹਾ ਹੈਗਾ ਆ। ਲੋਕਾਂ ਨੂੰ ਇਕੱਲੇ ਇਹੀ ਨਹੀਂ ਵੀ ਡਾਲਰ ਜਾਂਦੇ ਹੋਏ ਵੀ ਜਿਹੜੀ ਉਹ ਨਜ਼ਰ ਆਏ, ਉਹਨਾਂ ਨੇ ਇਹ ਵੀ ਦੇਖਿਆ ਵੀ ਜਿਸ ਤਰੀਕੇ ਦੇ ਨਾਲ ਉੱਥੇ ਘਾਣ ਵੀ ਹੋਇਆ ਆ, ਬਹੁਤ ਸਾਰੇ ਲੋਕਾਂ ਨੇ ਉਸ ਚੀਜ਼ ਦਾ ਓਵਰਆਲ ਜਿਹੜਾ ਉਹ ਬੁਰਾ ਬਣਾਇਆ ਆ। ਪ੍ਰੈਜ਼ੀਡੈਂਟ ਬਾਈਡਨ ਦੀ ਪ੍ਰੈਜ਼ੀਡੈਂਸੀ ਨੂੰ ਬਹੁਤ ਸਾਰੇ ਲੋਕਾਂ ਨੇ ਸਟਰੋਂਗ ਨਹੀਂ ਸਮਝਿਆ, ਇਸ ਕਰਕੇ ਉਹ ਦੇਖਣਾ ਚਾਹੁੰਦੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹ ਕਿੱਦਾਂ ਦੇ ਜਿਹੜੇ ਉਹ ਰਹਿ ਸਕਦੇ ਹੈਗੇ, ਕਿੱਦਾਂ ਦਾ ਜਿਹੜੇ ਉਹ ਰਹਿਣਗੇ। ਸੋ ਇਹ ਇੱਕ ਜਿਹੜੀ ਚੇਂਜਿਸ ਆ ਉਹ ਦੇਖਣ ਨੂੰ ਮਿਲਿਆ। ਐਂਟੀ ਇਨਕੰਬੈਂਸੀ ਦਾ ਪੂਰਾ ਜਿਹੜਾ ਉਹ ਜ਼ੋਰ ਇਸ ਵਾਰ ਆਪਾਂ ਨੂੰ ਇਹਨਾਂ ਇਲੈਕਸ਼ਨਸ ਦੇ ਵਿੱਚ ਓਵਰਆਲ ਜਿਹੜਾ ਉਹ ਦੇਖਣ ਨੂੰ ਮਿਲਿਆ ਹੈਗਾ ਆ। ਦੋਨਾਂ ਪਾਰਟੀਆਂ ਨੇ, ਦੋਨਾਂ ਕੈਂਡੀਡੇਟਸ ਨੇ ਆਪਣਾ ਟਿੱਲ ਦਾ ਜਿਹੜਾ ਉਹ ਜ਼ੋਰ ਲਾਇਆ। ਜੇ ਪ੍ਰੈਜ਼ੀਡੈਂਟ ਬਾਈਡਨ ਹੁੰਦੇ ਤਾਂ ਸ਼ਾਇਦ ਟਰੰਪ ਹੁਣਾਂ ਦਾ ਜਿੱਤਣਾ ਹੋਰ ਵੀ ਆਸਾਨੀ ਦੇ ਨਾਲ ਲੈਂਡਸਲਾਈਡ ਦੇ ਵਿੱਚ ਜਿਹੜਾ ਉਹ ਹੋ ਜਾਂਦਾ, ਜੋ ਪਹਿਲਾਂ ਜਿਹੜਾ ਉਹ ਲੱਗ ਰਿਹਾ ਸੀਗਾ। ਤੇ ਕਮਲਾ ਹੈਰਿਸ ਦੇ ਆਉਣ ਦੇ ਨਾਲ ਪੋਲਸ ਵਗੈਰਾ ਇਹੀ ਸਾਰਾ ਕੁਝ ਸ਼ੋ ਕਰਦਾ ਰਿਹਾ ਵੀ ਬਹੁਤ ਜ਼ਿਆਦਾ ਜਿਹੜਾ ਉਹ ਕਲੋਜ਼ ਆ। ਹੁਣ ਇਹ ਦੇਖਣਾ ਹੋਊਗਾ, ਹੁਣ ਜਦੋਂ ਹਰਜੋਤ ਸਿੰਘ ਜੀ ਰਿਜ਼ਲਟ ਆਉਣੇ ਆ ਤਾਂ ਇਵੈਂਚੁਅਲੀ ਜੇ ਇੱਕ ਪਾਸੇ 300 ਹੋਈਆਂ ਵੋਟਾਂ ਤੇ ਦੂਜੇ ਪਾਸੇ 200 ਦੇ ਇਰਦ ਗਿਰਦ ਜਿਹੜੀਆਂ ਰਹਿ ਗਈਆਂ, ਉਹਨਾਂ ਨੇ ਕਹਿਣਾ ਯਾਰ ਮੈਚ ਤਾਂ ਕਿਸੇ ਪਾਸੇ ਵੀ ਕਲੋਜ਼ ਨਹੀਂ ਸੀ ਜਿਸ ਹਿਸਾਬ ਦੇ ਨਾਲ ਪੋਲਸ ਨੇ ਜਿਹੜਾ ਉਹ ਸ਼ੋ ਕੀਤਾ ਸੀਗਾ। ਪਰ ਕਿਉਂਕਿ ਇਹ 7 ਜਿਹੜੀਆਂ ਸਟੇਟਸ ਆ, ਸਵਿੰਗ ਸਟੇਟਸ ਆ, ਉਹਨਾਂ ਦੇ ਵਿੱਚ ਮਾਰਜਨਸ ਜਿਹੜੇ ਮਾਰਜਨ ਇੰਨੇ ਜ਼ਿਆਦਾ ਵੱਡੇ ਨਹੀਂ ਆ, ਇਸ ਕਰਕੇ ਉਸ ਨੂੰ ਜਿਹੜਾ ਉਹ ਕਲੋਜ਼ ਦੇਖਿਆ ਗਿਆ ਆ। ਪਰ ਕਮਲਾ ਹੈਰਿਸ ਹਾਲ ਦੀ ਘੜੀ ਕੋਈ ਵੀ ਜਿਹੜੀ ਸਵਿੰਗ ਸਟੇਟ ਆ ਉਸ ਨੂੰ ਆਪਣੇ ਹੱਕ ਦੇ ਵਿੱਚ ਭੁਗਤਾਉਣ 'ਚ ਨਾਕਾਮਯਾਬ ਰਹੇ ਆ। ਟਰੰਪ ਹੁਣਾਂ ਨੇ ਜਾਰਜੀਆ ਤੇ ਨਾਰਥ ਕੈਰੋਲੀਨਾ ਆਲਰੇਡੀ ਜਿਹੜੀਆਂ ਦੋਨੋਂ ਜਿਹੜੇ ਸੂਬੇ ਆ ਉਹ ਆਪਣੇ ਹੱਕ ਦੇ ਵਿੱਚ ਜਿਹੜੇ ਉਹ ਭੁਗਤਾ ਲਏ ਆ, ਉਹ ਦੋਨੋਂ ਜਿਹੜੇ ਜਿੱਤ ਗਏ ਆ। 16 ਜਿਹੜੀਆਂ ਇਲੈਕਟੋਰਲ ਕਾਲਜ ਦੀਆਂ ਵੋਟਸ ਆ ਉਹਨਾਂ ਦੇ ਹੱਕ ਦੇ ਵਿੱਚ ਪੈ ਚੁੱਕੀਆਂ ਨੇ, ਜਾ ਚੁੱਕੀਆਂ ਨੇ। ਸੋ ਆਪਾਂ ਰੈਪ ਅਪ ਕਰਦੇ ਆ ਰਾਜਕਨਵੀਰ ਸਿੰਘ ਜੀ, ਹਰਵਿੰਦਰ ਜੀ, ਤੇ ਜਾਂਦੇ ਇੱਕ ਵਾਰੀ ਜਿਹੜੀਆਂ ਟੋਟਲ ਰਿਜ਼ਲਟ ਜੇ ਦੱਸਦੇ ਜਾਈਏ। ਡੋਨਲਡ ਟਰੰਪ ਉਹਨਾਂ ਦੇ ਕੋਲ 248 ਇਲੈਕਟਰਲ ਵੋਟਸ ਆ, ਕਮਲਾ ਹੈਰਿਸ ਕੋ 214 ਆ। ਬਹੁਤ ਸਾਰੇ ਜਿਹੜੇ ਨਿਊਜ਼ ਚੈਨਲਸ ਆ ਉਹ ਆਲਰੇਡੀ ਡਿਕਲੇਅਰ ਕਰ ਚੁੱਕੇ ਆ ਵੀ ਡੋਨਲਡ ਟਰੰਪ ਹੁਣੀ ਪ੍ਰੈਜ਼ੀਡੈਂਟ ਬਣ ਗਏ ਆ 47th ਯੂਐਸ ਦੇ।
ਜਿਹੜੀਆਂ 5-6 ਸਟੇਟਾਂ ਆ ਹਜੇ ਉਹਨਾਂ ਦੇ ਰਿਜ਼ਲਟ ਫਾਈਨਲ ਐਸੋਸੀਏਟਡ ਪ੍ਰੈਸ ਨੇ ਨਹੀਂ ਕੀਤੇ, ਕੁਝ ਕੁ ਚੈਨਲਾਂ ਨੇ ਕਰ ਦਿੱਤੇ ਆ। ਪੈਂਸਲਵੇਨੀਆ ਦੇ ਵਿੱਚ ਜੇ ਦੱਸਦੇ ਜਾਈਏ 19 ਇਲੈਕਟਰਲ ਵੋਟਸ ਹੈਗੇ ਆ, 95% ਵੋਟਾਂ ਕਾਊਂਟ ਹੋ ਚੁੱਕੀਆਂ ਆ। ਡੋਨਲਡ ਟਰੰਪ ਉਹਨਾਂ ਦੇ ਕੋਲ 51%, 33,86,485 ਤੇ ਕਮਲਾ ਹੈਰਿਸ ਦੇ ਕੋਲ 31,92,548। ਸੋ ਲਗਭਗ 2 ਲੱਖ ਵੋਟਾਂ ਦਾ ਫਰਕ ਹੈਗਾ ਆ। ਇਸੇ ਤਰ੍ਹਾਂ ਮਿਸ਼ੀਗਨ ਦੇ ਵਿੱਚ 15 ਇਲੈਕਟਰਲ ਵੋਟਸ ਆ, 73% ਕਾਊਂਟ ਹੋਈਆਂ। ਡੋਨਲਡ ਟਰੰਪ ਉਹਨਾਂ ਦੇ ਕੋਲ 52.5% ਤੇ ਕਮਲਾ ਹੈਰਿਸ ਕੋ 45.8% ਆ। ਵਿਸਕੌਨਸਨ ਦਾ ਵੀ ਲਗਭਗ ਡਿਸਾਈਡਡ ਹੀ ਹੈ ਕਿਉਂਕਿ 90% ਦੇ ਕਰੀਬ ਕਾਊਂਟ ਹੋ ਚੁੱਕੀਆਂ ਆ। ਡੋਨਲਡ ਟਰੰਪ ਉਹਨਾਂ ਦੇ ਕੋਲ 15,75,358 ਤੇ ਕਮਲਾ ਹੈਰਿਸ ਕੋਲ 14,52,363। ਸੋ 1,20,000 ਵੋਟਾਂ ਦਾ ਇੱਥੇ ਫਰਕ ਹੈਗਾ। ਐਰੀਜ਼ੋਨਾ 'ਚ ਬੜਾ ਘੱਟ ਫਰਕ ਆ, 52% ਵੋਟਾਂ ਕਾਊਂਟ ਹੋ ਚੁੱਕੀਆਂ ਆ। ਡੋਨਲਡ ਟਰੰਪ ਉਹਨਾਂ ਕੋਲ 9,61,896, ਕਮਲਾ ਹੈਰਿਸ ਕੋ 9,33,800 ਤੇ ਨਵਾਡਾ ਦੇ ਵਿੱਚ 80% ਵੋਟਾਂ ਜਿਹੜੀਆਂ ਆ ਕਾਊਂਟ ਹੋ ਚੁੱਕੀਆਂ ਆ। ਮੈਨੂੰ ਲੱਗਦਾ ਇਹ ਸਟੇਟ ਵੀ ਡੋਨਲਡ ਟਰੰਪ ਲੈ ਜਾਣਗੇ। 6 ਇਲੈਕਟਰਲ ਵੋਟਸ ਆ। ਡੋਨਲਡ ਟਰੰਪ ਉਹਨਾਂ ਦੇ ਕੋਲ 5,64,712 ਤੇ ਕਮਲਾ ਹੈਰਿਸ ਕੋ 5,11,021 ਤੇ ਅਲਾਸਕਾ ਦੇ ਵਿੱਚ ਜਿਹੜੀ ਆ 51% ਵੋਟਾਂ ਕਾਊਂਟ ਹੋ ਚੁੱਕੀਆਂ। ਡੋਨਲਡ ਟਰੰਪ ਕੋ 1,08,976, ਕਮਲਾ ਹੈਰਿਸ ਕੋ 80,982। ਸੋ ਮੈਨੂੰ ਇਹ ਲੱਗ ਰਿਹਾ ਹੈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ 280-90 ਦੇ ਕਰੀਬ ਇਲੈਕਟਰਲ ਜਿਹੜੇ ਆ ਵੋਟਸ ਉਹ ਲੈ ਜਾਣਗੇ। ਜੀ ਬਿਲਕੁਲ। ਜੀ ਬਿਲਕੁਲ। ਐਸੋਸੀਏਟਡ ਪ੍ਰੈਸ ਨੇ ਅਨਾਉਂਸ ਕਰ ਦਿੱਤਾ ਕਿ ਡੋਨਲਡ ਟਰੰਪ ਪੈਂਸਿਲਵੇਨੀਆ ਲੈ ਗਏ। ਜੀ ਸੋ 267 ਟੋਟਲ ਵੋਟਾਂ ਜਿਹੜੀਆਂ ਉਹਨਾਂ ਨੂੰ ਇਲੈਕਟੋਰਲ ਵੋਟ 3 ਰਹਿ ਗਈਆਂ ਜੀ ਬਸ, ਟੋਟਲ ਮਿਲੀਆਂ। ਝੂੰਗਾ ਰਹਿ ਗਿਆ। ਅਲਾਸਕਾ ਆਲਰੇਡੀ ਡਿਸਾਈਡਡ ਹੀ ਆ ਬਈ ਟਰੰਪ ਦੇ ਕੋਲ ਆ। ਸੋ 3 ਉਹ ਪਾ ਕੇ ਤਾਂ 270। ਸੋ ਵਧਾਈ ਦਿੰਦੇ ਆ ਜੀ ਅਸੀਂ ਆਪਣੀ ਟੀਮ ਵੱਲੋਂ ਡੋਨਲਡ ਟਰੰਪ ਹੋਰਾਂ ਨੂੰ ਨਵੇਂ ਜਿਹੜੇ ਆ ਰਾਸ਼ਟਰਪਤੀ ਬਣਨ ਦੇ ਲਈ 47ਵੇਂ ਜਿਹੜੇ ਉਹ ਰਾਸ਼ਟਰਪਤੀ ਜਿਹੜੇ ਉਹ ਬਣ ਜਾ ਰਹੇ ਆ। ਸੋ ਟਰੰਪ ਹੋਣਾ ਨੇ ਅਜੇ ਤੱਕ ਭਾਸ਼ਣ ਤਾਂ ਨਹੀਂ ਦਿੱਤਾ ਹੈਗਾ, ਪਰ ਜਿਹੜੇ ਪੈਂਸਿਲਵੇਨੀਆ ਦੇ ਵਿੱਚ ਜਿਹੜੀ ਉਹਨਾਂ ਦੀ ਆਲਰੇਡੀ ਜਿਹੜੀ ਜਿੱਤ ਆ ਉਹ ਹੋ ਚੁੱਕੀ ਆ। ਸੋ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਡੋਨਲਡ ਟਰੰਪ ਬਹੁਤ ਹੀ ਜਲਦ ਆਪਣੇ ਸਾਹਮਣੇ ਕਹਿਓ ਵੀ 20 ਜਨਵਰੀ 2025 ਨੂੰ ਉਹਨਾਂ ਨੇ ਅਹੁਦਾ ਜਿਹੜਾ ਇੱਕ ਹਿਸਾਬ ਦੇ ਨਾਲ ਸੰਭਾਲਣਾ ਆ। 6 ਜਨਵਰੀ ਉਹੀ ਦਿਨ 4 ਸਾਲ ਬਾਅਦ ਜਦੋਂ ਰੌਲਾ ਰੱਪਾ ਪਿਆ ਸੀ, ਹਿੰਸਾ ਜਿਹੜੀ ਉਹ ਆਪਾਂ ਦੇਖੀ ਸੀ, ਉਸ ਦਿਨ ਹੁਣ ਇਵੈਂਚੁਅਲੀ ਇਲੈਕਟਰਲ ਜਿਹੜੀਆਂ ਵੋਟਾਂ ਆ ਇਲੈਕਟਰਲ ਕਾਲਜ ਨੂੰ ਜਿਹੜਾ ਉਹ ਸਰਟੀਫਾਈ ਕੀਤਾ ਜਾਊਗਾ। ਆਉਂਦੇ ਜਿਹੜੇ 1-2 ਵੀਕਾਂ ਦੇ ਵਿੱਚ ਹਰ ਇੱਕ ਕਾਉਂਟੀ ਨੇ ਆਪੋ ਆਪਣੇ, ਹਰ ਇੱਕ ਸੂਬੇ ਨੇ ਆਪੋ ਆਪਣੇ ਜਿਹੜੇ ਇਲੈਕਸ਼ਨ ਰਿਜ਼ਲਟ ਆ ਉਹਨਾਂ ਨੂੰ ਅਧਿਕਾਰਤ ਤੌਰ ਦੇ ਉੱਤੇ ਮੋਹਰ ਲਾ ਕੇ ਸਾਈਨ ਕਰਕੇ ਜਿਹੜਾ ਉਹ ਘੱਲ ਦੇਣਾ ਵਾਸ਼ਿੰਗਟਨ ਡੀਸੀ ਨੂੰ। ਵਾਸ਼ਿੰਗਟਨ ਡੀਸੀ ਦੇ ਵਿੱਚ ਫਿਰ ਇਵੈਂਚੁਅਲੀ 6 ਜਿਹੜੇ ਆ ਉਹ ਜਨਵਰੀ ਨੂੰ ਉਹਨਾਂ ਨੇ ਸਰਟੀਫਾਈ ਕਰਨਾ ਆ ਤੇ ਫਿਰ 20 ਜਨਵਰੀ ਨੂੰ ਜਿਹੜੇ ਆ ਉਹ ਟਰੰਪ ਹੁਣੀ ਜਿਹੜਾ ਆ ਉੱਥੇ ਜਿਹੜਾ ਆਪਣੀ ਸਹੁੰ ਚੱਕਣਗੇ। ਤੇ ਸਹੁੰ ਚੱਕਣ ਵੇਲੇ ਇਸ ਵਾਰ ਫਿਰ ਕਰਾਊਡ ਦੇ ਸਾਈਜ਼ ਨੂੰ ਲੈ ਕੇ ਰੌਲਾ ਪਾਉਂਦੇ ਆ ਜਾਂ ਨਹੀਂ, ਵੀ ਕਰਾਊਡ ਸਾਈਜ਼ ਕਿਹਦਾ ਵੱਡਾ ਸੀ ਕਿਹਦਾ ਲਾਰਜ ਸੀਗਾ। ਸੋ ਕਿਹਦੇ ਨੂੰ ਜ਼ਿਆਦਾ ਜਿਹੜਾ ਉਹ ਦੇਖਣ ਆਏ ਸੀ, ਉਹ ਸਭ ਕੁਝ ਜਿਹੜਾ ਉਹ ਆਪਾਂ ਦੇਖਾਂਗੇ। ਉਹ ਉੱਦਾਂ ਜਿਹੜਾ ਉਹ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜਾ ਉਹ ਦਰਸ਼ਕਾਂ ਦੇ ਨਾਲ ਜਿਹੜਾ ਉਹ ਸ਼ੇਅਰ ਕਰਦੇ ਰਵਾਂਗੇ ਜੀ। ਸੋ ਇੱਕ ਵਾਰੀ ਡੇਵਿਡ ਵਲਡਾਹੋ ਦਾ ਜਾਂਦੇ ਕਰਨ ਕਾਉਂਟੀ ਦਾ ਮੈਂ ਸਰਚ ਕਰਦਾ, ਤਦ ਤੱਕ ਹਰਵਿੰਦਰ ਜੀ ਤੁਸੀਂ ਬੋਲੋ। ਹਾਂਜੀ, ਸੋ ਪ੍ਰੈਜ਼ੀਡੈਂਟ 267 ਅਜੋ ਸਿੰਘ ਜੀ ਆਪਣੇ ਨਾਲ ਆਪਾਂ ਕਾਫੀ ਜ਼ਿਆਦਾ ਆਪਾਂ ਜਿਹੜਾ ਨਾ ਉਹ ਕਰ ਦਈਏ। ਟਰੰਪ ਹੁਣੀ ਜਿਹੜਾ ਭਾਸ਼ਣ ਦੇ ਰਹੇ ਆ ਜੀ ਜੀ ਆਪਾਂ ਗੱਲ ਕਰਦੇ ਹਾਂਜੀ। ਸ਼ਾਇਦ ਤੁਹਾਨੂੰ ਆਵਾਜ਼ ਨਹੀਂ ਸੁਣਦੀ ਪਰ ਆਵਾਜ਼ ਜਾ ਰਹੀ ਹੈ ਬਾਹਰ, ਵੇਟ ਕਰੋ ਜੀ ਜੀ। ਜੀ ਆਪਾਂ ਗੱਲ ਕਰਦੇ ਹਾਂ ਤੇ
ਪ੍ਰੈਜ਼ੀਡੈਂਟ ਦੀ ਕੈਂਡੀਡੇਟਸ ਦੀ ਗੱਲ ਕੀਤੀ ਤੇ 267 ਹਰਵਿੰਦਰ ਜੀ ਹਰਵਿੰਦਰ ਜੀ ਪਲੀਜ਼ ਵੇਟ ਕਰ ਲਿਓ, ਆਪਣਾ ਭਾਸ਼ਣ ਜਿਹੜਾ ਬਾਹਰ ਜਿਹੜਾ ਉਹ ਜਾ ਰਿਹਾ, ਸੋ ਆਪਣੇ ਜਿਹੜੇ ਸਰੋਤੇ ਆ ਉਸ ਨੂੰ ਜਿਹੜਾ ਉਹ ਸੁਣ ਪਾ ਰਹੇ ਆ, ਜਿਹੜਾ ਦੇਖ ਪਾ ਰਹੇ ਆ, ਸੋ ਆਪਾਂ ਵੇਟ ਕਰ ਲਈਏ ਥੋੜਾ ਜੀ। Pennsylvania and Wisconsin. We are now winning in Michigan, Arizona, Nevada, and Alaska, which result in us carrying at least 315 electoral votes. But it's much easier doing what the networks did or whoever called it, because there was no other path. There was no other path to victory. We also have won the popular vote. That was great. I was proud of that. Thank you. Thank you very much. Winning the popular vote was very nice. Very nice. I will tell you. A great feeling of love. We have a great feeling of love in this very large room with unbelievable people standing by my side. These people have been incredible. They've made the journey with me, and we're going to make you very happy. We're going to make you very proud of your vote. I hope that you're going to be looking back someday and say that was one of the truly important moments of my life when I voted for this group of people beyond the president, this group of great people. America has given us an unprecedented and powerful mandate. We have taken back control of the Senate. Wow, that's good. And the Senate races in Montana, Nevada, Texas, Ohio, Michigan, Wisconsin, the great Commonwealth of Pennsylvania, were all won by the MAGA movement. They helped so much. And in those cases, every one of them, we worked with the senators. They were tough races, and I mean, the number of victories in the Senate was absolutely incredible. And we did tele-rallies. We did tele-rallies with each one of them. And sometimes we did 2 or 3 and it was amazing to look at all of those victories. Nobody expected that. Nobody. So I just wanted to thank you very much for that. And you have some great senators and some great new senators. And it also looks like we'll be keeping control of the House of Representatives. And I want to thank Mike Johnson. I think he's doing a terrific job. Terrific job. I want to also thank my beautiful wife, Melania, First Lady. Who has the #1 best-selling book in the country. Can you believe that? Yeah. Oh, no, she's done a great job. Works very hard to help people.
So I just want to thank her. But I want to thank my whole family, my amazing children, and they are amazing children. Now, we all think our children are amazing. Everybody here thinks their children are amazing, but that's a good thing when you think they are. But Don, Eric, Ivanka, Tiffany, Barron, Laura, Jared, Kimberly, Michael, thank you all. What a help. What a great. My father-in-law, Victor, is tremendous, and we miss very much Melania's mother, Amalia. We miss Amalia, don't we, huh? She would be very happy right now, standing on this stage. She'd be so proud. She was a great woman, that one. Beautiful inside and out. She was a great woman. I want to be the first to congratulate our great, now I can say, Vice President-elect of the United States, J.D. Vance. And his absolutely remarkable and beautiful wife, Ushabaz. And he's a feisty guy, isn't he? You know, I've said, go into the enemy camp. And you know, the enemy camp is certain networks. And a lot of people don't like this. Sir, do I have to do that? He just goes, okay. Which one? CNN, MSDNC? He'll say, all right, thank you very much. He actually looks fun. He's like the only guy I've ever seen. He really looks forward to it. And then he just goes in and absolutely obliterates them. Say a couple of words. Well, Mr. President, I appreciate you allowing me to join you on this incredible journey. I thank you for the trust that you placed in me. And I think that we just witnessed the greatest political comeback in the history of the United States of America. And under President Trump's leadership, we're never going to stop fighting for you, for your dreams, for the future of your children. And after the greatest political comeback in American history, we're going to lead the greatest economic comeback in American history under Donald Trump's leadership. Thank you very much. He's turned out to be a good choice. I took a little heat at the beginning, but he was, I knew the brain was a good one, about as good as it gets. And we love the family, and we're going to have a great 4 years, and we're going to turn our country around, make it something very special. It lost that little thing called special. We have to make it so. We're going to make this so great. It's the greatest country, and potentially the greatest country in the world by far. And right now, we're going to just work very hard to get all of that back. We're going to make it the best it's ever been. We can do that. If we had to wait longer, I don't know. It was going bad, and it was going bad fast. We're going to have to seal up those borders, and we're going to have to let people come into our country. We want people to come back in, but we have to let them come back in, but they have to come in legally. They have to come in legally. Let me also express my tremendous appreciation for Susie and Chris, the job you did. Susie, come here. Come here, Susie. Chris, come here, Chris. Susie likes to stay sort of in the back, let me tell you. The Ice Maiden, we call her the Ice Maiden, right? Come here, Chris. Come here, Chris. Susie likes to stay in the background. She's not in the background. Come here, Susie. You want me to say something? This wasn't expected, but I just want to thank
obviously President Trump for this journey. It was a great one, and he's a hell of a candidate. And he's going to be a hell of a great 47th president. And this team that we had, the best team, and of course, even my boss, Susie Wiles, the best. Thank you. Thank you, and thank you, Susan. Look at this, she's shot. I've never seen her be shot before. Susie, they're great. Everybody up here is great. Everybody up here is very special. But the Trump, yeah, who did you say? Oh, let me tell you, we have a new star. A star is born, Elon. Now he is. Now he's an amazing guy. We were sitting together tonight. You know, he spent 2 weeks in Philadelphia and different parts of Pennsylvania campaigning. You know, he sent the rocket up 2 weeks ago, and I saw that rocket. I saw it coming down. I saw it. It was, when it left, it was beautiful, shiny white. When it came down, it didn't look so pretty. It was going 10,000 miles an hour, and it was burning like hell. I said, what happened to your paint job? He said, we've never made a paint that could withstand that kind of heat. And, but I saw it come down and turn around. And it was, you know, it's like 22 stories tall, by the way. It looks a little smaller than that, but it's big. And it came down, and you saw that fire burning. And I'm saying, only Elon can do this. It must be an Elon. And I tell the story. I told it last night. I had a man on the phone. I had the screen muted, no sound. I was talking to a very important man, happens to be here. And that very important guy, one of the most important people in, I would say, the country, actually. But, you know, I was president, and now it looks like I was going to be maybe president again, so I figured I could ask him to hold. So I asked him to hold. And because, especially because you're going to be president again, they hold. So I took the phone down, and I'm looking at the screen. I'm seeing this crazy thing that's going around and coming down. It looks like it's going to crash into the gantry. And I said, oh, no. And I said, do me a favor, do you mind holding for a couple of minutes? I want to see this. I thought it was a space-age movie or something. I put the phone down, bad part. I didn't pick it up for 45 minutes, and he was holding. But this spaceship came down, and I saw those engines firing, and it looked like it was over. It was going to smash, and then I saw the fire pour out from the left side, and I put it straight, and it came down so gently, and then it wrapped those arms around it, and it held it, and just like you hold your baby at night, your little baby. And it was a beautiful thing to see, and I called Elon. I said, Elon, was that you? He said, yes, it was. I said, who else can do that? Can Russia do it? No. Can China do it? No. Can the United States do it other than you? No, nobody can do that. I said, that's why I love you, Elon. That's great. And you know, when we had the tragic Hurricane Helene, and it hit North Carolina, they were really devastated. The water, this was a big water, as big as we've ever seen, water hurricane. It built lakes out of nothing. Fields became lakes, and the danger was unbelievable. And the people from North Carolina came to me and they said, would it be possible, at all possible, for you to speak to Elon Musk? We need Starlink. I said, what's Starlink? It's a form of communication. So I called Elon, and I'll tell you what, he had, and it was very dangerous. People would die. They had no communication. All the wires were down. I called Elon Musk. I said, Elon, you have something called Starlink. Is that right? Yes, I do. What the hell is it? He said, it's a communication system that's very good. I said, Elon, they need it really, really badly in North Carolina. Can you get it? He had that there so fast. It was incredible. So, and it was great. It saved a lot of lives. He saved a lot of lives. But he's a character. He's a special guy. He's a super genius. We have to protect our geniuses. We don't have that many of them. We have to protect our super geniuses. I want to thank some of the guys. You know, we have up here today the U.S. Open champion. He's a fantastic golfer. He's slightly longer than me. It's a little bit longer than me. Just a little bit. Bryson DeChambeau is up here someplace. What happened to Bryson? Where is he? Bryson. Oh, he was shot. He's hitting balls.
Oh, he's on the way. He's hitting balls. Bryson. Oh, look at him. He's got a great career going. Great U.S. Open, Bryson. That's a fantastic job. And we also have Dana White, who has done some job. He's a tough guy. So Dana started UFC and came to me, do you mind if I use your, nobody wanted to give him a rinse because they said it's a rough sport, a little rough. And I helped him out a little bit, and I went and I said, this is the roughest sport I've ever seen, but I began to like it and he loved it, and nobody's done a better job in sports. And you know, he's a very motivational kind of a guy, what he does. He gets these fighters and they really go at it. And it's become one of the most successful sports enterprises anywhere at any time. It's doing so well. I'd like to ask Dana just to say a couple of words because people love to hear from him. Dana, please. ਸੋ ਜਿੱਦਾਂ ਤੁਸੀਂ ਜਿਹੜਾ ਸੁਣ ਰਹੇ ਆ, ਚਲੋ ਹੁਣ ਉਹ ਬਾਕੀਆਂ ਨੂੰ ਨਾਲ ਦੇ ਨਾਲ ਜਿਹੜਾ ਉਹ ਬੁਲਵਾਈ ਜਿਹੜਾ ਉਹ ਜਾ ਰਹੇ ਆ, ਪਰ ਓਵਰਆਲ ਜਿਹੜੇ ਆ ਉਹ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਉਹ ਇੱਕ ਹਿਸਾਬ ਦੇ ਨਾਲ ਸੰਬੋਧਨ ਜਿਹੜਾ ਉਹ ਕਰ ਰਹੇ ਸੀਗੇ। ਕਹਿੰਦੇ ਜੀ ਅਸੀਂ ਅਮਰੀਕਾ ਨੂੰ ਮੁੜ ਦੁਬਾਰਾ ਬਹੁਤ ਵਧੀਆ ਬਣਾ ਦੇਣਾ, ਇਕਨੋਮਿਕ ਰਿਕਵਰੀ ਬਹੁਤ ਤਗੜੀ ਜਿਹੜੀ ਉਹ ਕਰਨੀ ਆ। ਵਾਈਸ ਪ੍ਰੈਜ਼ੀਡੈਂਟ JD ਵੈਂਸ ਜਿਹੜੇ ਆ ਉਹ ਵੀ ਇੱਥੇ ਜਿਹੜੇ ਉਹ ਬੋਲੇ ਆ। ਨਾਲ ਦੇ ਨਾਲ ਉਹਨਾਂ ਨੇ ਹੋਰ ਵੀ ਸਾਰਿਆਂ ਨੂੰ ਧੰਨਵਾਦ ਜਿਹੜਾ ਉਹ ਕੀਤਾ ਜਿਨ੍ਹਾਂ ਨੇ ਨਾਲ ਉਹਨਾਂ ਦਾ ਜਿਹੜਾ ਇਸ ਦੇ ਵਿੱਚ ਸਾਥ ਜਿਹੜਾ ਉਹ ਦਿੱਤਾ ਸੀਗਾ। ਸੋ ਇਸ ਮੌਕੇ ਜਿਹੜਾ ਹਰਵਿੰਦਰ ਤੇ ਹਰਜੋਤ ਜੀ ਜੇ ਦੇਖਿਆ ਜਾਵੇ 267 ਡੋਨਲਡ ਟਰੰਪ, 3 ਅਲਾਸਕਾ ਦੀਆਂ ਜਿੱਤ ਜਾਣੀਆਂ, ਵਿਸਕੌਨਸਨ, ਮਿਸ਼ੀਗਨ, ਐਰੀਜ਼ੋਨਾ, ਨਵਾਡਾ, ਇਹਨਾਂ ਦੇ ਵਿੱਚ ਵੀ ਸਾਰੀਆਂ ਸਵਿੰਗ ਸਟੇਟ ਬੇਸਿਕਲੀ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਜਿਹੜੀਆਂ ਉਹ ਗਈਆਂ ਆ। 315 ਤੱਕ ਇਹਨਾਂ ਦਾ ਜਿਹੜਾ ਉਹ ਆંકੜਾ ਚੱਲਿਆ ਜਾਣਾ ਆ। ਸੋ ਕਮਲਾ ਹੈਰਿਸ ਹੁਣ ਉਹਨਾਂ ਨੂੰ ਕਾਲ ਕਰਦੇ ਆ, ਕੰਸੀਡ ਕਰਦੇ ਆ ਜਾਂ ਨਹੀਂ ਕਰਦੇ, ਦੇਖਣ ਵਾਲੀ ਗੱਲ ਆ। ਗਵਰਨਰਸ ਦੀ ਵੀ ਤੁਸੀਂ ਗੱਲ ਕਰ ਰਹੇ ਸੀ ਹਰਜੋਤ ਜੀ, ਰਮਨ ਜੀ, ਸੌਰੀ ਹਰਵਿੰਦਰ। ਸਿਰਫ 3 ਜਿਹੜੇ ਆ ਉਹ ਡੈਮੋਕ੍ਰੇਟ ਪਾਰਟੀ ਦੇ, ਨਾਰਥ ਕੈਰੋਲੀਨਾ, ਵਾਸ਼ਿੰਗਟਨ ਤੇ ਡੈਲਾਵੇਅਰ ਦੇ ਵਿੱਚ ਜਿਹੜੇ ਗਵਰਨਰ ਬਣੇ ਆ। ਬਾਕੀ ਜਿਹੜੇ 10 ਗਵਰਨਰ ਨੇ ਉਹ ਰਿਪਬਲਿਕਨ ਪਾਰਟੀ ਦੇ ਜਿਹੜੇ ਉਹ ਬਣੇ ਆ, ਜਿੱਥੇ ਵਰਮੌਂਟ, ਨਿਊ ਹੈਂਪਸ਼ਾਇਰ, ਵੈਸਟ ਵਰਜੀਨੀਆ, ਇੰਡੀਆਨਾ, ਮਜ਼ੂਰੀ, ਨਾਰਥ ਡਕੋਟਾ, ਮੌਂਟੈਨਾ, ਯੂਟਾ ਤੇ ਮਜ਼ੂਰੀ ਦੇ ਵਿੱਚ ਜਿਹੜੇ ਉਹ ਉੱਥੇ ਜਿਹੜੇ ਉਹ ਗਵਰਨਰਸ ਜਿਹੜੇ ਆ ਰਿਪਬਲਿਕਨ ਪਾਰਟੀ ਦੇ ਬਣੇ ਆ। ਸੋ ਕੁੱਲ ਮਿਲਾ ਕੇ ਇਸ ਟਾਈਮ 50 ਦੇ ਵਿੱਚੋਂ 27 ਰਿਪਬਲਿਕਨ ਤੇ 23 ਜਿਹੜੇ ਡੈਮੋਕ੍ਰੇਟ ਗਵਰਨਰ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਆ। ਸੈਨੇਟ ਦੇ ਵਿੱਚ ਜਿੱਦਾਂ ਆਪਾਂ ਦੱਸਿਆ ਵੀ 2 ਜਿਹੜੀਆਂ ਆ ਉਹ ਫਲਿਪ ਕਰਨ ਤੋਂ ਬਾਅਦ ਚ ਰਿਪਬਲਿਕਨਸ ਦੇ ਕੋਲ ਸਿੰਪਲ ਮੈਜੋਰਟੀ 51 ਜਿਹੜੇ ਉਹ ਹੋ ਗਏ ਆ। 7 ਜਿਹੜੀਆਂ ਰੇਸਿਸ ਅਜੇ ਵੀ ਕਾਲ ਹੋਣੀਆਂ ਜਿਹੜੀਆਂ ਉਹ ਬਾਕੀ ਆ, ਜਿਸ ਚ ਵਿਸਕੌਨਸਨ, ਪੈਨਸਿਲਵੇਨੀਆ, ਨਵਾਡਾ, ਮੌਂਟੈਨਾ, ਮਿਸ਼ੀਗਨ, ਮੇਨ ਤੇ ਐਰੀਜ਼ੋਨਾ ਦੀਆਂ ਜਿਹੜੀਆਂ ਉਹ ਬਕਾਇਆ ਪਈਆਂ ਨੇ ਉਸ ਦੇ ਲਈ। ਸੋ 42 ਜਿਹੜੇ ਇਸ ਟਾਈਮ ਅਜੇ ਡੈਮੋਕ੍ਰੇਟਸ ਦੇ ਕੋਲ ਸੈਨੇਟਰਸ ਜਿਹੜੇ ਉਹ ਹੋਣਗੇ। ਹਾਊਸ ਦੇ ਵਿੱਚ ਵੀ ਜਿਹੜੀ ਆ ਪ੍ਰਦਰਸ਼ਨ ਉੱਥੇ ਕਲੋਜ਼ ਹੀ ਜਿਹੜਾ ਉਹ ਕਰ ਰਿਹਾ। 77 ਜਿਹੜੀਆਂ ਜੇ ਇਲੈਕਸ਼ਨਸ ਆ ਉਹ ਕਾਲ ਹੋਣੀਆਂ ਬਾਕੀ ਆ। 168 ਡੈਮੋਕ੍ਰੇਟ ਤੇ 190 ਜਿਹੜੀਆਂ ਸੀਟਾਂ ਆ ਉਹ ਰਿਪਬਲਿਕਨਸ ਦੇ ਕੋਲ ਇਸ ਟਾਈਮ ਆਈਆਂ ਹੋਈਆਂ ਨੇ। ਜੀ ਹਰਜੋਤ ਜੀ, ਹਰਜੋਤ ਜੀ ਆਵਾਜ਼ ਨਹੀਂ ਆ ਰਹੀ ਤੁਹਾਡੀ। ਜੀ ਬਿਲਕੁਲ, US ਦੇ ਪ੍ਰੈਜ਼ੀਡੈਂਟ 47th ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਗੇ ਰਿਪਬਲਿਕਨ, ਤੇ ਇਸੇ ਤਰ੍ਹਾਂ ਡੈਮੋਕ੍ਰੇਟਸ ਸੈਨੇਟ ਦੇ ਵਿੱਚ ਵੀ ਮੈਜੋਰਟੀ ਲੂਜ਼ ਕਰ ਗਏ ਆ। ਸੈਨੇਟ ਦੇ ਵਿੱਚ US ਦੀ ਸੈਨੇਟ 'ਚ 51 ਰਿਪਬਲਿਕਨ ਸੈਨੇਟਰ ਹੋਣਗੇ ਜੀ। ਸੋ ਇੱਕ ਚੀਜ਼ ਜਿਹੜੀ ਇੱਥੇ ਜਿਹੜੀ ਹੋਣ ਜਾ ਰਹੀ ਆ, ਜਦੋਂ ਤਿੰਨਾਂ ਸ਼ਾਖਾਵਾਂ ਦੇ ਵਿੱਚ ਇੱਕ ਜਿਹੜੀ ਆ ਪ੍ਰੈਜ਼ੀਡੈਂਸੀ ਜਾਂ ਇੱਕ ਪਾਰਟੀ ਦੀ ਮੈਜੋਰਟੀ ਆ, ਸੋ ਡੋਨਲਡ ਟਰੰਪ ਇਲੈਕਟਡ ਪ੍ਰੈਜ਼ੀਡੈਂਟ ਜਿਸ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ, ਉਹਦੇ ਵਿੱਚ ਕਹਿੰਦੇ ਵੀ ਉਹ ਕਿਸੇ ਵੀ ਡੈਮੋਕ੍ਰੈਟਿਕ ਵੋਟ ਤੋਂ ਬਗੈਰ ਕੋਈ ਵੀ ਅਪੁਆਇੰਟਮੈਂਟ, ਚਾਹੇ ਉਹਨਾਂ ਦੀ ਕੈਬਨਿਟ ਦੀ ਆ, ਚਾਹੇ ਉਹਨਾਂ ਦੀ ਸਰਕਾਰ ਦੀ ਆ, ਚਾਹੇ ਸੁਪਰੀਮ ਕੋਰਟ ਦੀ ਆ, ਜੇ ਉਹ ਵੇਕੈਂਸੀ ਖਾਲੀ ਹੁੰਦੀ ਆ ਤਾਂ ਉਸ ਨੂੰ ਭਰ ਸਕਦੇ ਆ। ਸੋ ਇਹ ਪ੍ਰੈਜ਼ੀਡੈਂਟ ਦੇ ਕੋਲ ਇੱਕ ਹਿਸਾਬ ਦੇ ਨਾਲ ਬਹੁਤ ਵੱਡੀ ਜਿਹੜੀ ਪਾਵਰ ਆ
ਉਹ ਉਹਨਾਂ ਦੇ ਕੋਲ ਜਿਹੜੀ ਉਹ ਆ ਜਾਣੀ ਆ। ਆਪਾਂ ਨੂੰ ਇਹ ਵੀ ਪਤਾ ਵੀ 4 ਸਾਲਾਂ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਦੀਆਂ ਕੈਬਨਿਟ ਦੀਆਂ ਸਾਰੀਆਂ ਪੋਜੀਸ਼ਨਾਂ ਵੀ ਜਿਹੜੀਆਂ ਉਹ ਨਹੀਂ ਭਰੀਆਂ ਸੀਗੀਆਂ, ਕਿਉਂਕਿ ਉਹਨਾਂ ਦੇ ਕੋਲ ਹਰ ਥਾਂ ਦੇ ਉੱਤੇ ਮੈਜੋਰਟੀ ਨਹੀਂ ਸੀਗੀ। ਇਨ ਹਾਊਸ ਜਿਹੜਾ ਜੇ ਡਿਸਾਈਡ ਤਾਂ ਨਹੀਂ ਹੋਇਆ, ਰਿਪਬਲਿਕਨਸ ਜਿਨ੍ਹਾਂ ਨੇ 3 ਡੈਮੋਕ੍ਰੇਟਸ ਸੀਟਸ ਜਿਹੜੀਆਂ ਆਲਰੇਡੀ ਫਲਿੱਪ ਕੀਤੀਆਂ ਆ, ਤੇ ਜੇ ਡੈਮੋਕ੍ਰੇਟਸ ਫਲਿੱਪ ਨਹੀਂ ਕਰਦੇ ਇੱਕ ਵੀ ਰਿਪਬਲਿਕਨ ਸੀਟ, ਤੇ ਉਹਨਾਂ ਦੀ ਮੈਜੋਰਟੀ ਉੱਥੇ ਜਿਹੜੀ ਆ ਹੋਰ ਜ਼ਿਆਦਾ ਸਟਰੋਂਗ ਹੋ ਜਾਊਗੀ, ਜੋ ਕਿ ਉਹਨਾਂ ਦੇ ਲਈ ਬਹੁਤ ਜ਼ਿਆਦਾ ਲਾਭਕਾਰਕ ਜਿਹੜੀ ਉਹ ਹੋਊਗੀ। ਸੋ ਇੱਥੇ ਜਿਹੜੀ ਇਸ ਟਾਈਮ ਯੂਐਸ ਦੀ ਸਰਕਾਰ ਨੂੰ, ਯੂਐਸ ਦੀ ਦਿਸ਼ਾ ਤੇ ਦਸ਼ਾ ਨੂੰ ਬਦਲਣ ਦੇ ਲਈ ਜਿਹੜੀ ਅਗਲੇ 4 ਸਾਲ ਆ ਬੇਸਿਕਲੀ ਡੋਨਲਡ ਟਰੰਪ ਦੀ ਪ੍ਰੈਜ਼ੀਡੈਂਸੀ ਨੇ ਜਿਹੜੇ ਉਹ ਡਿਸਾਈਡ ਕਰ ਦੇਣੇ ਆ। ਬਹੁਤ ਵੱਡੇ ਜਿਹੜੇ ਚੇਂਜਸ ਆਪਾਂ ਨੂੰ ਅਮਰੀਕਾ ਦੇ ਵਿੱਚ ਹੁਣ ਦੇਖਣ ਨੂੰ ਜਿਹੜੇ ਉਹ ਮਿਲਣਗੇ, ਚਾਹੇ ਉਹ ਇਕਨੋਮਿਕ ਪਾਲਿਸੀ ਹੋਵੇ, ਚਾਹੇ ਉਹ ਇਮੀਗ੍ਰੇਸ਼ਨ ਪਾਲਿਸੀ ਹੋਵੇ, ਚਾਹੇ ਉਹ এনवायरमेंटल ਪਾਲਿਸੀ ਹੋਵੇ। ਤੁਸੀਂ ਕਿਸੇ ਵੀ ਪਾਲਿਸੀ ਦਾ ਨਾਮ ਲਓ, ਉਹਦੇ ਵਿੱਚ ਆਪਾਂ ਨੂੰ ਬਹੁਤ ਵੱਡੀਆਂ ਜਿਹੜੀਆਂ ਤਬਦੀਲੀਆਂ ਆ ਆਉਂਦੇ 4 ਸਾਲਾਂ ਦੇ ਵਿੱਚ, ਜਾਂ ਕਹਿ ਲਓ ਵੀ 20 ਜਨਵਰੀ 2025 ਤੋਂ ਬਾਅਦ ਚ ਦੇਖਣ ਨੂੰ ਮਿਲਣਗੀਆਂ। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਆਖੀ ਆ ਵੀ 11 ਮਿਲੀਅਨ ਜਾਂ ਜਿੰਨੇ ਵੀ ਇਲੀਗਲ ਇਮੀਗ੍ਰੈਂਟਸ ਆ, ਉਹਨਾਂ ਨੂੰ ਫੜ ਕੇ ਉਹਨਾਂ ਨੇ ਸਾਰਿਆਂ ਨੂੰ ਵਾਪਸ ਜਿਹੜਾ ਉਹ ਜਹਾਜ਼ੇ ਬਹਾ ਕੇ ਘੱਲ ਦੇਣਾ ਆ। ਉਹਦੇ ਵਿੱਚ ਕਿੱਦਾਂ ਹੋਊਗਾ, ਜਾਂ ਹੋਰ ਜਿਹੜੀਆਂ ਪਾਲਿਸੀਜ਼ ਆ ਉਹਦੇ ਵਿੱਚ ਕੀ ਚੇਂਜਸ ਲਿਆਉਣਗੇ, ਇਹ ਜਿਹੜੀ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਆ। ਸੋ ਜਿਹੜੇ ਡੋਨਲਡ ਟਰੰਪ ਆ ਉਹ ਲਗਾਤਾਰ ਜਿੱਤ ਵੱਲ ਨੂੰ ਵਧ ਰਹੇ, ਕਹਿ ਸਕਦੇ ਆ ਵੀ ਉਹ ਹੁਣ ਇੱਕ ਹਿਸਾਬ ਦੇ ਨਾਲ ਡਿਕਲੇਅਰ ਹੀ ਹੋਣਾ ਇੱਕ ਹਿਸਾਬ ਨਾਲ, ਬਾਕੀ ਅਧਿਕਾਰਤ ਤੌਰ ਦੇ ਉੱਤੇ ਸਾਈਨ ਹੋਣੇ ਬਾਕੀ ਆ। 47ਵੇਂ ਰਾਸ਼ਟਰਪਤੀ ਜਿਹੜੇ ਆ ਉਹ ਡੋਨਲਡ ਟਰੰਪ ਹੋਣ ਜਾ ਰਹੇ ਆ। ਤੇ ਆਪਾਂ ਇਜਾਜ਼ਤ ਲਈਏ ਸਰੋਤਿਆਂ ਤੋਂ, ਤੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਲੱਗਿਆ ਜਰੂਰ ਕੱਲ ਨੂੰ ਕਾਲ ਕਰਕੇ ਦੱਸਿਓ। ਲਗਾਤਾਰ ਲਗਭਗ ਆਪਾਂ 5 ਘੰਟੇ ਲੱਗੇ ਰਹੇ ਆ ਕਿ ਨਹੀਂ ਰਾਜਕਰਮੀਰ ਸਿੰਘ ਜੀ? ਬਿਲਕੁਲ ਜੀ, 6:30 ਵਜੇ ਦੇ ਸ਼ੁਰੂ ਹੋਏ ਸੀਗੇ ਹਰਜੋਤ ਸਿੰਘ ਜੀ। 5.25 ਸਾਢੇ 5 ਘੰਟੇ ਜਿਹੜੇ ਆ ਉਹ ਆਪਾਂ ਨਾਨ ਸਟਾਪ ਮੈਰਾਥਨ ਜਿਹੜੀ ਕਵਰੇਜ ਆ ਉਹ ਯੂਐਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੀ ਜਿਹੜੀ ਉਹ ਆਪਾਂ ਕੀਤੀ ਹੈਗੀ ਆ। ਇਹਦੇ ਨਾਲ ਇੱਕ ਚੀਜ਼ ਜਿਹੜੀ ਹੋਰ ਹੋ ਜੂਗੀ ਹਰਜੋਤ ਸਿੰਘ ਜੀ, ਹਰਵਿੰਦਰ ਜੀ, ਆਪਾਂ ਜਾਂਦੇ ਜਾਂਦੇ ਇਹ ਵੀ ਕਹਿ ਦਈਏ ਵੀ ਉਹਨਾਂ ਦੇ ਉੱਤੇ ਜਿੰਨੇ ਵੀ ਕ੍ਰਿਮੀਨਲ ਕੇਸਿਸ ਆ ਉਹ ਹੁਣ ਸਾਰੇ ਠੰਡੇ ਵਸਤੇ 'ਚ ਜਿਹੜੇ ਚਲੇ ਜਾਣਗੇ। ਐਜ਼ ਏ ਪ੍ਰੈਜ਼ੀਡੈਂਟ, ਐਜ਼ ਏ ਇਲੈਕਟਡ ਪ੍ਰੈਜ਼ੀਡੈਂਟ, ਉਹਨਾਂ ਨੂੰ ਉਸ ਦੇ ਵਿੱਚ ਚਾਰਜ ਕਰਨਾ ਜਾਂ ਉਸ ਪਾਸੇ ਵੱਲ ਨੂੰ ਕਰਨਾ, ਉਹ ਤਾਂ ਹੁਣ ਫਿਰ ਗੱਲ ਜਿਹੜੀ ਕਿਸੇ ਗੱਲ ਪਾਸੇ ਜਿਹੜੀ ਉਹ ਨਹੀਂ ਲੱਗਣੀ। ਈਵਨ ਜੇ ਉਹ ਕਹਿ ਲਓ ਵੀ ਕਨਵਿਕਟ ਵੀ ਹੁੰਦੇ ਆ, ਜਿਹੜੇ ਕਈ ਸਿਵਲ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਕੀਤਾ ਗਿਆ ਆ, ਉਹ ਆਪਣੇ ਆਪ ਨੂੰ ਮਾਫ ਵੀ ਜਿਹੜਾ ਉਹ ਸ਼ਾਇਦ ਕਰ ਸਕਣਗੇ। ਅਨਪ੍ਰੈਸੀਡੈਂਟਡ ਵਾਟਰਸ ਹੋਣਗੇ, ਬਹੁਤ ਕੁਝ ਜਿਹੜਾ ਇਸ ਦੇ ਵਿੱਚ ਪ੍ਰੈਜ਼ੀਡੈਂਸੀ ਦੇ ਵਿੱਚ ਆਪਾਂ ਨੂੰ ਸੁਣਨ ਦੇਖਣ ਨੂੰ ਮਿਲੂਗਾ, ਤੇ ਆਪਾਂ ਲਗਾਤਾਰ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਉਸ ਦੀ ਕਵਰੇਜ ਜਿਹੜੀ ਉਹ ਦਿੰਦੇ ਰਵਾਂਗੇ। ਸੋ ਇੱਥੇ ਸਰੋਤਿਆਂ ਨੂੰ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਮੇਰੇ ਹਰਵਿੰਦਰ ਸਿੰਘ ਕਾਂਗ ਵੱਲੋਂ ਸਭ ਨੂੰ ਹੀ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। When we became more and more successful, people started